ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਟੀਵੀ 84 ਦੀ ਪੂਰੀ ਟੀਮ ਸੈਨ ਫਰਾਂਸਿਸਕੋ ਦੀ ਧਰਤੀ ਤੇ ਜੋ 1984 ਦੇ ਇੱਥੇ ਜੋ ਫਰੀडम ਮਾਰਚ 1984 ਦੇ ਸ਼ਹੀਦਾਂ ਦੀ ਸਮਰਪਿਤ ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਿਤ ਤੇ ਜੋ 40 ਸਾਲਾ ਖਾਲਿਸਤਾਨ ਡੈਕਲੇਰੇਸ਼ਨ ਨੂੰ ਵੀ ਹੋ ਗਏ ਹਨ ਉਹਨੂੰ ਸਮਰਪਿਤ ਇਹ ਅੱਜ ਦਾ ਇਹ ਮਾਰਚ ਹੈ। ਸੋ ਟੀਵੀ 84 ਦੀ ਟੀਮ ਇਸ ਨੂੰ ਕਵਰ ਕਰਨ ਲਈ ਇੱਥੇ ਪਹੁੰਚੀ ਹੈ। ਇਹ ਸੈਨ ਫਰਾਂਸਿਸਕੋ ਸਿਟੀ ਜੋ ਕਿ ਕੈਲੀਫੋਰਨੀਆ ਦੀ ਬਿਜ਼ਨਸ ਹੱਬ ਵੀ ਹੈ ਤੇ ਦੂਰ ਦਰਾਡੇ ਤੋਂ ਸੰਗਤਾਂ ਪੰਥਕ ਲੀਡਰ ਤੇ ਪੰਥਕ ਬੁਲਾਰੇ ਇੱਥੇ ਭਾਗ ਲੈਣ ਲਈ ਪਹੁੰਚੇ ਹੋਏ ਹਨ। ਅੱਜ ਅਸੀਂ ਆਪ ਜੀ ਦੇ ਨਾਲ ਪੂਰੇ ਜਿੰਨੀ ਵੀ ਇਹ ਫਰੀडम ਮਾਰਚ ਹੈ ਆਪ ਜੀ ਦੇ ਨਾਲ ਇਸ ਨੂੰ ਲਾਈਵ ਸ਼ੋਅ ਕਰਾਂਗੇ। ਸੋ ਆਓ ਆਪਾਂ ਰਲ ਕੇ ਆਪਣੀ ਇਸ ਆਜ਼ਾਦੀ ਦੀ ਲੜਾਈ ਦੇ ਵਿੱਚ ਆਓ ਆਪਣਾ ਭਾਗ ਪਾਈਏ ਤੇ ਇਸ ਤਰ੍ਹਾਂ ਹੀ ਤੁਹਾਡੇ ਨਾਲ ਹਰ ਸਾਂਝ ਜੋ ਵੀ ਅੱਜ ਹੋਵੇਗਾ ਆਪ ਜੀ ਨਾਲ ਸਾਂਝਾ ਕੀਤਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਤੁਹਾਨੂੰ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ ਰੂਬਰੂ ਕਰਨ ਜਾ ਰਹੇ ਹਾਂ ਜੋ ਪੰਥ ਦੇ ਵਿਦਵਾਨ ਨੇ। ਤਾਂ ਆਓ ਉਹਨਾਂ ਦੇ ਵਿਚਾਰ ਆਪਾਂ ਸਰਵਣ ਕਰੀਏ ਸਾਰੇ। ਵਾਹਿਗੁਰੂ ਜੀ ਕਾ ਖਾਲਸਾ ਡਾਕਟਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਸੈਨ ਫਰਾਂਸਿਸਕੋ ਇੱਕ ਜ਼ਮਾਨਾ ਸੀ ਜਦੋਂ ਦੁਨੀਆ ਭਰ ਦੀਆਂ ਇੰਟਰਨੈਸ਼ਨਲ ਕਾਨਫਰੰਸਿਸ ਵੱਡੇ ਪ੍ਰੋਗਰਾਮ ਦੁਨੀਆ 'ਚ ਦੋ ਤਿੰਨ ਨਾਂ ਹੀ ਜਾਣੇ ਜਾਂਦੇ ਸੀ ਅਮਰੀਕਾ ਦੇ ਹਵਾਲੇ ਨਾਲ। ਨਿਊਯਾਰਕ ਸੀ, ਵਾਸ਼ਿੰਗਟਨ ਡੀਸੀ ਸੀ, ਸ਼ਿਕਾਗੋ ਸੀ ਜਾਂ ਸੈਨ ਫਰਾਂਸਿਸਕੋ ਸੀ। ਇੰਟਰਨੈਸ਼ਨਲ ਮੈਪ ਦੇ ਉੱਤੇ ਤਾਂ ਸੈਨ ਫਰਾਂਸਿਸਕੋ ਬਹੁਤ ਪਹਿਲਾਂ ਤੋਂ ਹੈ। ਹੁਣ ਵੀ ਅਸੀਂ ਸਮਝਦੇ ਹਾਂ ਕਿ ਕੈਲੀਫੋਰਨੀਆ ਦੀ ਇਹ ਬਿਜ਼ਨਸ ਹੱਬ ਹੈ ਔਰ ਪੋਲੀਟੀਕਲੀ ਵੀ ਇਹ ਬੜੀ ਅਹਿਮੀਅਤ ਵਾਲੀ ਲਾਈਨ ਹੈ ਕਿਉਂਕਿ ਸੈਨ ਫਰਾਂਸਿਸਕੋ ਜਿਹੜਾ ਹੈ ਉਹ ਇੱਕ ਪਾਸੇ ਜਦੋਂ ਅਸੀਂ ਲਿਬਰਲ ਪਾਲਿਸੀਜ਼ ਦੀ ਗੱਲ ਕਰਦੇ ਹਾਂ ਕੁਝ ਮਾਮਲਿਆਂ ਦੇ ਵਿੱਚ ਜਿਵੇਂ ਅਸੀਂ ਮੈਸਾਚੂਸੇਟਸ ਸਟੇਟ ਦੇ ਵਿੱਚ ਬੋਸਟਨ ਦਾ ਜ਼ਿਕਰ ਕਰਦੇ ਹਾਂ ਜਿੱਥੋਂ ਅਮਰੀਕਾ ਦਾ ਰੈਵੋਲੂਸ਼ਨ ਸ਼ੁਰੂ ਹੋਇਆ ਕਿਉਂਕਿ ਇਹ ਬੜਾ ਅਹਿਮੀਅਤ ਵਾਲਾ ਵੀ ਹੈ ਕਿ 250 ਸਾਲਾ ਜਿਹੜਾ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੀ 250 ਸਾਲਾ ਵਰ੍ਹੇਗੰਢ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਔਰ ਇਹ ਵਰ੍ਹਾ ਸਾਰਾ ਇਸ ਦਿਨ ਦੀ ਯਾਦ ਨੂੰ ਸਮਰਪਿਤ ਵੀ ਹੈ। ਔਰ ਇਸੇ ਤਰ੍ਹਾਂ ਸੈਨ ਫਰਾਂਸਿਸਕੋ ਦੇ ਵਿੱਚ ਜਦੋਂ ਅਸੀਂ ਚਾਰਟਰ ਆਫ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ 10 ਦਸੰਬਰ 1948 ਦਾ ਤੇ ਇਹ ਸਿਵਿਕ ਸੈਂਟਰ ਜਿੱਥੇ ਜਾ ਕੇ ਅੱਜ ਦੇ ਇਸ ਫਰੀडम ਮਾਰਚ ਨੇ ਕਨਕਲੂਡ ਹੋਣਾ ਹੈ ਉਸ ਥਾਂ ਦੇ ਉੱਤੇ ਜਿਹੜਾ ਇਹ ਡਿਕਲੇਅਰ ਕੀਤਾ ਗਿਆ ਸੀ ਚਾਰਟਰ ਆਫ ਰਾਈਟਸ ਦਸਤਖਤ ਹੋਏ ਸੀ। ਸਾਡੇ ਲਈ ਅਹਿਮੀਅਤ ਇਸ ਲਈ ਹੈ ਕਿਉਂਕਿ ਬੇਸ਼ੱਕ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ। ਬੇ ਏਰੀਆ ਦੇ ਵਿੱਚ ਹੀ ਲਗਭਗ 1 ਲੱਖ ਤੋਂ ਜ਼ਿਆਦਾ ਸਿੱਖ ਹੋਣਗੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਨਗਰ ਕੀਰਤਨ ਉਹ ਭਾਵੇਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣ, ਖਾਲਸਾ ਸਾਜਨਾ ਦਿਵਸ ਨੂੰ ਹੋਣ, ਉਹ ਹਰ ਥਾਂ ਹੁੰਦੇ ਨੇ। ਲੇਕਿਨ ਜਦੋਂ ਅੱਜ ਤੋਂ ਕੁਝ ਵਰ੍ਹੇ ਪਹਿਲਾਂ ਫਰੀਮੌਂਟ ਗੁਰਦੁਆਰਾ ਸਾਹਿਬ ਔਰ ਹਿਸਟੋਰੀਕਲ ਗੁਰਦੁਆਰਾ ਸਾਹਿਬ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਉਹਨਾਂ ਨੇ ਇਸ ਗੱਲ ਦੀ ਸ਼ੁਰੂਆਤ ਕੀਤੀ ਕਿ ਭਾਈ ਫਰੀਮੌਂਟ ਦੇ ਬੇਸ਼ੱਕ ਲੀਡਰਸ਼ਿਪ ਉਹਨਾਂ ਦੇ ਕੋਲ ਹੈ ਲੇਕਿਨ ਇਸ ਫਰੀडम ਮਾਰਚ ਦੇ ਵਿੱਚ ਨਾਰਦਰਨ ਕੈਲੀਫੋਰਨੀਆ ਦੀਆਂ ਸਿੱਖ ਸੰਗਤਾਂ ਵੱਡੇ ਪੈਮਾਨੇ ਦੇ ਉੱਤੇ ਜਿਹੜੀਆਂ ਨੇ ਸ਼ਿਰਕਤ ਕਰਦੀਆਂ ਨੇ। ਸੋ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਇਸ ਮਾਰਚ ਨੂੰ ਜਿੱਥੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਇਹ ਦਿਨ ਹੈ ਜੂਨ 84 ਘੱਲੂਘਾਰ ਹੈ ਉਹ ਵੀ ਨਾਲ ਅਹਿਮੀਅਤ ਵਾਲਾ ਹੈ ਕਿਉਂਕਿ ਜਦੋਂ ਅੱਜ ਤੋਂ ਠੀਕ 42 ਸਾਲ ਪਹਿਲਾਂ 3 ਜੂਨ 1984 ਨੂੰ ਘੱਲੂਘਾਰਾ 84 ਵਰਤਾਇਆ ਗਿਆ ਸੀ। ਉਸ ਵੇਲੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ 3 ਜੂਨ ਨੂੰ ਸੀ ਬਿਕਰਮੀ ਕੈਲੰਡਰ ਦੇ ਮੁਤਾਬਕ। ਸੋ ਹੁਣ ਜਦੋਂ ਅਸੀਂ ਇਹਨਾਂ 2 ਦਿਨਾਂ ਦੇ ਨਾਲ ਇਸ ਵਰੇ 'ਚ ਅਹਿਮੀਅਤ ਵਾਲਾ ਪਾਰਟ ਜਿਵੇਂ ਮੈਂ ਦੱਸਿਆ ਕਿ ਅਮਰੀਕਨ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ 250 ਸਾਲ ਪੂਰੇ ਹੋਣੇ ਨੇ ਔਰ ਇਹੀ ਅੱਜ ਤੋਂ 2 ਦਿਨ ਪਹਿਲਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜਾ ਹੈ ਉਹ 4 ਜੂਨ ਨੂੰ ਵੱਡੇ ਪੈਮਾਨੇ ਦੇ ਉੱਤੇ ਇਸ ਦਿਨ ਨੂੰ US ਕਾਂਗਰੈਸ਼ਨਲ ਸੈਨੇਟ ਦੇ ਵਿੱਚ ਅਰਦਾਸ ਔਰ ਉਸ ਤੋਂ ਬਾਅਦ ਇੱਕ ਵੱਡਾ ਸਮਾਗਮ ਹੋਇਆ ਜਿਹਦੇ 'ਚ ਕਿ ਪ੍ਰੋਮੀਨੈਂਟ ਕਾਂਗਰਸਮੈਨ ਉਹਨਾਂ ਨੇ ਜੁਆਇਨ ਕੀਤਾ ਔਰ ਇਹ ਵਰ੍ਹਾ ਸਾਡੇ ਲਈ ਹੋਰ ਵੀ ਅਹਿਮੀਅਤ ਰੱਖਦਾ ਹੈ। ਖਾਲਿਸਤਾਨ ਡੈਕਲੇਰੇਸ਼ਨ ਦੀ 42ਵੀਂ ਵਰ੍ਹੇਗੰਢ ਹੈ। ਕੱਲ੍ਹ ਜਿਵੇਂ ਅਕਾਲ ਤਖਤ ਸਾਹਿਬ ਤੇ ਇੱਕ ਵੱਡਾ ਇਕੱਠ ਹੋਇਆ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਖੌਫ ਪੈਦਾ ਕਰਨ ਦੇ ਲਈ ਅੰਮ੍ਰਿਤਸਰ ਦੇ ਵਿੱਚ ਫਲੈਗ ਮਾਰਚ ਸੀ। 1100 ਤੋਂ ਜਿਹੜੀਆਂ ਨੇ 11 ਕੰਪਨੀਆਂ CRPF BSF ਦੀਆਂ ਉੱਥੇ ਉਹਨਾਂ ਨੇ ਲਿਆਂਦੀਆਂ ਹੋਈਆਂ ਸੀ। ਹਜ਼ਾਰਾਂ ਪੁਲਿਸਮੈਨ ਸਨ ਪਰ ਇਸ ਖੌਫ ਵਾਲੇ ਮਾਹੌਲ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਅੱਜ
ਅਸੀਂ ਫਰੀਮਾਉਂਟ ਦੇ ਉਸ ਰਾਊਟ ਦੇ ਉੱਤੇ ਜਿੱਥੋਂ ਕਿ ਐਨੂਅਲੀ ਇਹ ਪੈਰੇਡ ਜਾਂਦੀ ਹੈ, ਔਰ ਅਸੀਂ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਅਜੇ ਇਸ ਦੀ ਸ਼ੁਰੂਆਤ ਹੋ ਰਹੀ ਹੈ, ਔਰ ਜਿਉਂ-ਜਿਉਂ ਇਹ ਅੱਗੇ ਚੱਲੇਗਾ ਸਾਡੀ ਟੀਮ ਜਿਹੜੀ ਕਿ ਪੂਰੀ ਇਕਵਿਪਡ ਇਸ ਨੂੰ ਲਾਈਵ ਕਵਰ ਕਰ ਰਹੀ ਹੈ, ਉਹ ਤੁਹਾਡੇ ਤੱਕ ਅੱਡ-ਅੱਡ ਜਿਹੜੇ ਮੈਸੇਜ ਨੇ ਉਹ ਪਹੁੰਚਾਉਣਗੇ। ਇਹ ਕਨਕਲੂਡ ਹੋਏਗਾ ਜਿੱਥੇ ਕਿ ਫਾਈਨਲ ਸਟੇਜ ਸਿਵਿਕ ਸੈਂਟਰ ਦੇ ਬਾਹਰ ਲੱਗਦੀ ਹੈ, ਔਰ ਉੱਥੇ ਅੱਡ-ਅੱਡ ਬੁਲਾਰੇ ਜਿਹੜੇ ਨੇ ਉਹ ਐਡਰੈਸ ਕਰਨਗੇ। ਸੋ ਅਸੀਂ ਅਗੇਨ ਸਾਡੇ TV 84 ਦੇ ਵਿਊਅਰ ਜਿਹੜੇ ਦੁਨੀਆ ਭਰ ਦੇ ਵਿੱਚ ਨੇ, ਗਲੋਬਲ ਆਊਟਰੀਚ ਹੈ, ਉਹਨਾਂ ਤੱਕ ਇਸ ਮੈਸੇਜ ਨੂੰ ਲਗਾਤਾਰਤਾ ਨਾਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ, ਔਰ ਬਹੁਤ ਜਲਦੀ ਜਿਹੜਾ ਹੈ ਇਸ ਦੇ ਨਾਲ ਸੰਬੰਧਿਤ ਹੋਰ ਵੀ ਡਿਟੇਲਸ ਤੁਹਾਡੇ ਸਾਹਮਣੇ ਆਉਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਹੁਣ ਆਪ ਸਾਹਮਣੇ ਮੈਂ ਰੂਬਰੂ ਹੋਣਗੇ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਜੰਡੇ, ਜਿਨ੍ਹਾਂ ਦੀ ਬੜੀ ਮਹਾਨ ਪੰਥਕ ਸੇਵਾ ਆ, ਬੜੀ ਦੇਰ ਤੋਂ ਸੇਵਾ 'ਚ ਡਟੇ ਹੋਏ ਨੇ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਅੱਜ ਦੇ ਪ੍ਰੋਗਰਾਮ ਬਾਰੇ ਜਾਂ ਕੌਮ ਨੂੰ ਕੀ ਸੁਨੇਹਾ ਦਿਓਗੇ, ਆਪ ਜੀ ਨਾਲ ਸ਼ਬਦ ਸਾਂਝੇ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪ੍ਰੋਗਰਾਮ ਹੈ 14 ਸਾਲ ਪਹਿਲਾਂ ਇਹ ਸਾਰੇ ਗੁਰਦੁਆਰਾ ਸਾਹਿਬਾਨ ਅਤੇ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਇਹ ਜਿਹੜਾ ਉਪਰਾਲਾ ਕੀਤਾ ਸੀ ਕਿ ਸਾਨੂੰ ਇਸ ਤਰ੍ਹਾਂ ਸੈਨ ਫਰਾਂਸਿਸਕੋ ਇੱਕ ਮੇਨ ਸਿਟੀ ਹੈ ਅਮਰੀਕਾ ਦੇ ਵਿੱਚ, ਜੋ ਕੈਲੀਫੋਰਨੀਆ ਦਾ ਬਹੁਤ ਸਮੁੰਦਰ ਦੇ ਕਿਨਾਰੇ ਤੇ ਬਹੁਤ ਸੁੰਦਰ ਸ਼ਹਿਰ ਹੈ, ਕਿ ਆਪਾਂ ਉੱਥੇ ਜਾ ਕੇ ਇੱਕ ਸ਼ਹੀਦਾਂ ਨੂੰ ਯਾਦ ਕਰੀਏ ਜੋ ਤੀਜਾ ਘੱਲੂਘਾਰਾ ਹੋਇਆ। ਤੇ ਉਦੋਂ ਫਿਰ ਜਿਹੜਾ ਦਿਨ ਰੱਖਿਆ ਸੀ ਤੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ, ਉਹਨਾਂ ਦੀ ਸ਼ਹਾਦਤ ਜਦੋਂ ਉਹਨੂੰ ਮੁੱਖ ਰੱਖ ਕੇ ਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਤੀਜੇ ਘੱਲੂਘਾਰੇ ਦੀ ਯਾਦ 'ਚ ਨਗਰ ਕੀਰਤਨ ਤੇ ਪਾਤਸ਼ਾਹੀ ਰੈਲੀ ਜੋ ਇੱਥੇ ਪ੍ਰਬੰਧ ਲਿਖਿਆ ਸੀ। ਤੇ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਰੇ ਗੁਰਦੁਆਰਾ ਸਾਹਿਬਾਨ ਅਤੇ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਇਹ ਫਿਰ ਅੱਜ ਪ੍ਰਬੰਧ ਜਿਹੜਾ ਇਹ ਕੀਤਾ ਹੈ। ਤੇ ਸਾਰੇ ਗੁਰਦੁਆਰਿਆਂ 'ਚੋਂ ਬੱਸਾਂ ਚੱਲ ਰਹੀਆਂ, ਤੇ ਸਾਡਾ ਮਕਸਦ ਇਹ ਹੀ ਸੀ ਕਿ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ, ਇਹ ਇਕੱਠੇ ਹੋਣ ਦਾ ਮਕਸਦ ਇਹ ਸੀਗਾ ਕਿ ਉਹਨਾਂ ਨੂੰ ਜੋ ਸਾਨੂੰ ਤਾਂ ਹੁਣ ਅਸੀਂ ਅੱਖੀਂ ਵੇਖਿਆ, ਤੇ ਬੱਚੇ ਜਿਹੜੇ ਆ ਉਹਨਾਂ ਨੂੰ ਵੀ ਪਤਾ ਲੱਗੇ ਕਿ ਭਾਈ ਸਾਡੇ ਸਿੱਖ ਕੌਮ ਦੇ ਨਾਲ 1984 'ਚ ਕੀ ਵਰਤਿਆ, ਕਿਵੇਂ ਭਾਣਾ ਵਾਪਰਿਆ, ਤੇ ਕਿਵੇਂ ਸਾਨੂੰ ਕੋਹ ਕੇ ਸਾਡੇ ਬੱਚੇ ਘਰਾਂ 'ਚੋਂ ਚੱਕ ਕੇ ਹੋਰ ਤਾਂ ਹੋਰ ਸਾਡੀ ਕੌਮ ਦਾ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਜਥੇਦਾਰ ਸਾਹਿਬ, ਜਿਸ ਨੂੰ ਇੱਕ ਇੱਕ ਅੰਗ ਤੋਂ ਤੋੜ ਕੇ ਬੋਰੀ 'ਚ ਪਾ ਕੇ ਅੱਖਾਂ ਕੱਢ ਕੇ ਤੇ ਉਹਨੂੰ ਟੋਟੇ ਟੋਟੇ ਕਰਕੇ ਸਤਲੁਜ ਦਰਿਆ ਦੇ ਵਿੱਚ ਸਿੱਟਿਆ। ਇੱਕ ਬੜਾ ਵੱਡਾ ਚੈਲੰਜ ਹੈ ਸਾਨੂੰ ਕਿ ਤੁਹਾਡਾ ਜਥੇਦਾਰ ਜਿਹੜਾ ਇਹ ਭੁੱਖੇ ਮੱਛੀਆਂ ਦੀ ਖੁਰਾਕ ਉਹਨਾਂ ਨੂੰ ਉੱਥੇ ਸਿੱਟਿਆ। ਤੇ ਅੱਜ ਤਾਈਂ ਨਹੀਂ ਪਤਾ ਉਹਨਾਂ ਦੀ ਲਾਸ਼ ਦਾ, ਸਾਨੂੰ ਹੁਣ ਪਤਾ ਵੀ ਉੱਥੇ ਸਿੱਟਿਆ। ਤੇ ਅੱਜ ਸਾਰੇ ਤੁਸੀਂ TV 84 ਬਹੁਤ ਤੁਹਾਡਾ ਧੰਨਵਾਦ। ਤੁਸੀਂ ਹਮੇਸ਼ਾ ਪਹੁੰਚਦੇ ਜਿੱਥੇ ਪੰਥ ਦੀ ਗੱਲ ਹੁੰਦੀ ਆ, ਸਪੈਸ਼ਲੀ ਡਾਕਟਰ ਅਮਰਜੀਤ ਸਿੰਘ ਜੀ, ਜਿਨ੍ਹਾਂ ਨੇ ਤਕਰੀਬਨ ਆਪਣੀ ਸਾਰੀ ਇਹ ਲਾਈਫ ਜਦੋਂ ਤੋਂ ਸੰਘਰਸ਼ ਚੱਲਿਆ ਉਸ ਤੋਂ ਵੀ ਪਹਿਲਾਂ, ਜਦੋਂ ਇਹ ਪਹਿਲਾਂ ਮੋਰਚਾ ਹੀ ਲੱਗਾ ਉਸ ਟਾਈਮ ਤੋਂ ਲੈ ਕੇ ਇਹਨਾਂ ਦੀ ਬੜੀ ਘਾਲਣਾ, ਬੜੀ ਦੇਣ ਹੈ। ਤੇ ਅੱਜ ਵੀ ਇਹ TV 84 ਦੇ ਸਾਰਾ ਪ੍ਰਬੰਧ ਚਲਾਉਂਦੇ ਆ। ਤੁਸੀਂ ਭਾਈ ਗੁਰਦੇਵ ਸਿੰਘ ਜੀ, ਤੁਸੀਂ ਵੀ ਸਾਰਾ ਇਹ ਉਪਰਾਲਾ ਕਰਦੇ ਆ। ਮੈਂ ਦੇਖਦਾ ਤੁਹਾਨੂੰ 14 ਸਾਲ ਇੱਥੇ ਤਾਂ ਸੈਨ ਫਰਾਂਸਿਸਕੋ ਆਉਂਦੇ ਹੀ ਆ, ਭਾਵੇਂ ਉਹ ਸਟਾਕਟਨ ਹੋਵੇ ਭਾਵੇਂ ਜੂਬਾ ਸਿਟੀ, ਜਿੱਥੇ ਵੀ ਕੋਈ ਪੰਥਕ ਇਕੱਠ ਹੁੰਦਾ ਜਾਂ ਨਗਰ ਕੀਰਤਨ, ਤੁਸੀਂ ਉੱਥੇ ਪਹੁੰਚਦੇ ਆਪਣੀ ਪੂਰੀ ਟੀਮ ਲੈ ਕੇ। ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਰੱਖੇ, ਤੁਹਾਨੂੰ ਇਸੇ ਤਰ੍ਹਾਂ ਸੇਵਾ ਦਾ ਬਲ ਬਖਸ਼ੇ, ਤੁਸੀਂ ਸੇਵਾ ਕਰਦੇ ਰਹੋ। ਤੇ ਮੇਰੇ ਨਾਲ ਇਹ ਸੁਰ ਸਿੰਘ ਤੋਂ ਇਹ ਨੌਜਵਾਨ ਆ ਗੁਰਿੰਦਰਪਾਲ ਸਿੰਘ ਜੀ, ਇਹਨਾਂ ਪਰਿਵਾਰਾਂ ਨੇ ਬੜਾ ਕੁਝ ਦੇਖਿਆ, ਬੜੀ ਦੇਣ ਆ। ਇੱਕੋ ਹੀ ਪਿੰਡ ਦੇ ਵਿੱਚ ਸੁਰ ਸਿੰਘ ਦੇ 87 ਮੁੰਡੇ ਸ਼ਹੀਦ ਹੋਏ ਇੱਕ ਪਿੰਡ 'ਚ। ਤੁਸੀਂ ਦੇਖ ਲਓ ਵੀ 87 ਮੁੰਡੇ ਇੱਕ ਪਿੰਡ 'ਚੋਂ ਸ਼ਹੀਦ ਹੋ ਜਾਣੇ, ਇੱਕ ਜਨਰੇਸ਼ਨ ਖਤਮ ਕਰ ਦਿੱਤੀ ਸੀ। ਤੇ ਇਹ ਉਹਨਾਂ ਦੀ ਬਚੇ ਹੋਏ ਜਿਹੜੇ ਬੱਚੇ ਗਾਂ ਆ, ਇਹ ਇੱਥੇ ਸਾਡੇ ਕੋਲ ਪਹੁੰਚੇ ਆ, ਨਾਲ ਸਾਡੇ ਸੇਵਾ ਕਰਾਉਂਦੇ ਆ। ਤੇ ਇੱਕੋ ਹੀ ਗੁਰੂ ਦਾ ਸਿੱਖ ਪਿਆਰਾ ਸਿੱਖ ਹੋਇਆ
ਜਿਹਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ, ਤੂੰ ਮੇਰਾ ਦਿਲ ਵਾਂ। ਭਾਈ ਬਿਧੀ ਚੰਦ ਛੀਨਾ ਗੁਰੂ ਦਾ ਸੀਨਾ, ਇੱਕੋ ਹੀ ਸਿੱਖ ਨੂੰ ਮਾਣ ਪ੍ਰਾਪਤ ਹੋਇਆ ਸੀ। ਸੋ ਇਹ ਸਾਡੇ ਕੋਲ ਇੱਥੇ ਆਇਓ ਆ, ਇਹ ਅੱਜ ਵੀ ਸੇਵਾ ਨਾਲ ਕਰਾਉਂਦੇ ਆ, ਖਾਲਿਸਤਾਨ ਸੰਘਰਸ਼ ਦੇ ਨਾਲ ਜੁੜੇ ਹੋਏ ਆ। ਅਤੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ। ਨੌਜਵਾਨ ਉਤਸ਼ਾਹ ਬੜਾ ਆ, ਸੰਗਤ ਬੱਸਾਂ ਲੈ ਕੇ ਪਹੁੰਚ ਰਹੀ ਆ, ਸਪੈਸ਼ਲੀ ਗੁਰਦੁਆਰਾ ਸਾਹਿਬ ਫਰੀਮੌਂਟ ਦੀ ਜੋ ਇਸ ਸੰਘਰਸ਼ ਵਿੱਚ ਇਹ ਆ ਸਾਰਾ ਜੋ ਪ੍ਰਬੰਧ ਆ, ਇਸ ਵਿੱਚ ਮੋਹਰਲੀ ਜੋ ਆਪਣੇ ਕਤਾਰ ਦੇ ਵਿੱਚ ਇਹ ਸੇਵਾ ਭੂਮਿਕਾ ਨਿਭਾਉਂਦੇ ਆ। ਸੋ ਮੈਂ ਸਾਰੇ ਸੇਵਾਦਾਰਾਂ ਦਾ, ਜਿੰਨੇ ਨੌਜਵਾਨ 4 ਦਿਨ ਹੋ ਗਏ ਸੈਨ ਫਰਾਂਸਿਸਕੋ, ਪਹਿਲਾਂ ਇਹਨਾਂ ਨੇ ਫਰੀਮੌਂਟ ਤਿਆਰ ਕੀਤੇ, ਮੁੜ ਕੇ ਲਿਆ ਕੇ ਇਹਨਾਂ ਨੇ ਡੈਕੋਰੇਸ਼ਨ 4 ਦਿਨ ਹੋ ਗਏ। ਬੱਚੇ ਬੱਚੀਆਂ ਸੈਨ ਫਰਾਂਸਿਸਕੋ ਆ ਕੇ ਜਿਨ੍ਹਾਂ ਨੇ ਫਲੋਟਾਂ ਦੀ ਤਿਆਰੀ ਕੀਤੀ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਅਜੇ ਵੀ ਲੱਗੇ ਹੋਏ ਆ ਫਲੋਟ, ਜਿਹੜੇ ਆ ਲਾਈਨਾਂ ਦੇ ਵਿੱਚ ਲੱਗ ਗਏ ਆ। ਗੁਰੂ ਸਾਹਿਬ ਜੀ ਦਾ ਫਲੋਟ ਬਹੁਤ ਸੁੰਦਰ ਸਜਾਇਆ ਇਹਨਾਂ ਨੇ, ਅਤੇ ਹੁਣ ਥੋੜ੍ਹਾ ਚਿਰ ਸਟੇਜ ਲੱਗੇਗੀ, ਇੱਥੇ ਕੁਝ ਬੁਲਾਰੇ ਅਤੇ ਕੁਝ ਜਿਹੜੇ ਆ ਪ੍ਰਚਾਰਕ ਉਹ ਭਾਗ ਲੈਣਗੇ। ਫਿਰ 2 ਸਟਰੀਟ ਤੋਂ ਇੱਥੋਂ ਚੱਲ ਕੇ ਹਰੇਕ ਸਾਲ ਦੀ ਤਰ੍ਹਾਂ ਅਤੇ ਸਿਵਿਕ ਸੈਂਟਰ 'ਤੇ ਸਮਾਪਤੀ ਹੋਵੇਗੀ। ਉੱਥੇ ਦੇਸ਼ਾਂ ਵਿਦੇਸ਼ਾਂ ਤੋਂ ਸਾਰੇ ਬੁਲਾਰੇ ਆਏ ਹੋਏ ਨੇ। ਡਾਕਟਰ ਐਡਵੋਕੇਟ ਪ੍ਰਭਜੋਤ ਸਿੰਘ ਟੋਰਾਂਟੋ ਤੋਂ ਆਏ ਆ। ਇਸ ਵਾਰ ਇੱਕ ਨਵੀਂ ਚੀਜ਼ ਆ ਕਿ ਇੱਥੋਂ ਦੀ ਜਨਰੇਸ਼ਨ ਬੱਚੀਆਂ, 3 ਬੱਚੀਆਂ ਜਿਨ੍ਹਾਂ ਨੇ, ਇੱਕ ਐਡਵੋਕੇਟ ਆ, ਕੁਛ ਬੱਚੀਆਂ ਬੜੀਆਂ ਇੰਟੈਲੀਜੈਂਟ ਆ ਜਿਨ੍ਹਾਂ ਨੇ ਭਾਗ ਲੈਣਾ ਬੁਲਾਰੇ ਵਾ, ਅਤੇ ਬਾਕੀ ਕੈਨੇਡਾ ਤੋਂ ਐਡਵੋਕੇਟ ਜੋ ਪ੍ਰਭਜੋਤ ਸਿੰਘ ਆ, ਜਿਸ ਨੇ ਪ੍ਰਾਈਮ ਮਿਨਿਸਟਰ ਟਰੂਡੋ ਨੂੰ ਸਵਾਲ ਜਵਾਬ ਕੀਤੇ ਸੀਗੇ, ਉਹ ਇੱਥੇ ਪਹੁੰਚਿਆ ਹੋਇਆ ਕੱਲ੍ਹ ਦਾ। ਅਤੇ ਡਾਕਟਰ ਅਮਰਜੀਤ ਸਿੰਘ ਜੀ ਸਪੈਸ਼ਲ ਤੌਰ 'ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਅਤੇ ਉਹ ਅੱਜ ਇੱਥੇ ਪਹੁੰਚੇ ਆ। ਉਹਨਾਂ ਦਾ ਬਹੁਤ ਧੰਨਵਾਦ ਇੱਥੇ ਆਉਣ 'ਤੇ। ਉਹ ਵੀ ਸੰਗਤ ਨਾਲ ਵਿਚਾਰ ਰੱਖਣਗੇ ਜਦੋਂ ਮੇਨ ਉੱਥੇ ਸਵਿਸ ਸੈਂਟਰ ਦੀ ਸਟੇਜ ਲੱਗੇਗੀ। ਸੋ ਮੈਂ ਫਿਰ ਇੱਕ ਵਾਰ ਸਾਰੀ ਸੰਗਤ ਦਾ ਧੰਨਵਾਦ ਕਰਦਾ ਹੋਇਆ ਸਾਰਿਆਂ ਨੂੰ ਬੇਨਤੀ ਕਰਦਾ ਕਿ ਭਾਈ ਆ ਜਾਓ, ਫਲੋਟ ਤਿਆਰ ਵਾ, ਜਲਦੀ ਆਪਣੇ ਆਪਣੇ ਗੁਰਦੁਆਰੇ 'ਚੋਂ ਬੱਸਾਂ 'ਤੇ ਬਹਿ ਕੇ ਆਪਣੀ ਟਰਾਂਸਪੋਰਟ ਲੈ ਕੇ ਇੱਥੇ ਪਹੁੰਚੋ। ਆਪਾਂ ਮਹਾਨ ਸ਼ਹੀਦਾਂ ਨੂੰ, ਉਹਨਾਂ ਨੂੰ ਸ਼ਹੀਦਾਂ ਨੂੰ, 5 ਪਾਤਸ਼ਾਹ ਦੀ ਸ਼ਹਾਦਤ ਨੂੰ, ਉਹਨਾਂ ਨੂੰ ਯਾਦ ਕਰਕੇ ਸ਼ਹੀਦਾਂ ਦੀ ਬਖਸ਼ਿਸ਼ ਲਈਏ, ਉਹਨਾਂ ਨੂੰ ਯਾਦ ਕਰੀਏ ਅਤੇ ਆਪਣੇ ਰਾਜ ਭਾਗ ਦੀ ਅਰਦਾਸ ਕਰੀਏ, ਖਾਲਿਸਤਾਨ ਦੀ ਪ੍ਰਾਪਤੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੰਡੀ ਸਾਹਿਬ, ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ। ਇਹ ਸਨ ਜੰਡੀ ਸਾਹਿਬ ਜਿਹੜੇ ਪੰਥ ਦੇ ਬੜੇ ਮਹਾਨ ਸੇਵਕ। ਸਾਡੇ ਕੋਲ ਭਾਈ ਸਾਹਿਬ ਯਾਰ ਵੇਲੇ ਸੇਵਾ ਲਈ ਤਤਪਰ ਰਹਿੰਦੇ ਨੇ ਪਹੁੰਚੇ। ਚਲੋ 2 ਮਿੰਟ ਇਹ ਵੀ ਆਪ ਦੇ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਨਾਮ ਲੇਵਾ ਸਾਰੀ ਸਿੱਖ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰਿਆਂ ਨੂੰ ਦੋਨੇ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਜੂਨ 1984 ਦੇ ਘੱਲੂਘਾਰੇ ਦੀ ਯਾਦ ਵਿੱਚ ਇੱਥੇ ਇਕੱਠੇ ਹੋਏ ਆ, ਕਿਉਂਕਿ ਉਸ ਦਿਨ ਇੰਡੀਆ ਦੀ ਜਿਹੜੀ ਜ਼ਾਲਮ ਸਟੇਟ ਆ ਉਹਨੇ ਸਾਨੂੰ ਦੱਸ ਦਿੱਤਾ ਕਿ ਅਸੀਂ ਜੋ ਸਿੱਖ ਲੋਕ ਆ, ਪੰਜਾਬੀ ਲੋਕ ਆ, ਉਹ ਇੰਡੀਆ ਦਾ ਹਿੱਸਾ ਨਹੀਂ ਹੈਗੇ। ਅਗਰ ਇੰਡੀਆ ਦਾ ਹਿੱਸਾ ਹੁੰਦੇ ਤਾਂ ਉਹ ਸਾਡੇ ਉੱਤੇ ਟੈਂਕਾਂ ਦੇ ਨਾਲ, ਜਿੱਦਾਂ ਕਿਸੇ ਬਾਹਰਲੇ ਮੁਲਕ ਦੇ ਉੱਤੇ ਅਟੈਕ ਕਰਦੇ ਆ, ਸਾਡੇ ਉੱਤੇ ਇਸ ਤਰ੍ਹਾਂ ਦਾ ਫਿਰ ਅਟੈਕ ਨਹੀਂ ਕਰਦੇ। ਉਹ ਅੱਜ ਦੇ ਦਿਨ ਉਹਨਾਂ ਨੇ ਸਾਡੇ 6ਵੇਂ ਪਾਤਸ਼ਾਹ ਦੇ ਹੱਥਾਂ ਦਾ ਬਣਾਇਆ ਹੋਇਆ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰ ਦਿੱਤਾ। ਅੱਜ ਦੇ ਦਿਨ ਉਹਨਾਂ ਨੇ ਇੱਥੇ ਸਾਡੇ ਤੀਜਾ ਵੱਡਾ ਘੱਲੂਘਾਰਾ ਹੈਗਾ। 2 ਵੱਡੇ ਘੱਲੂਘਾਰੇ, 2 ਘੱਲੂਘਾਰੇ ਤੋਂ ਪਹਿਲਾਂ ਹੋਏ ਅਬਦਾਲੀ ਦੇ ਵੇਲੇ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ। ਪਰ ਇਸ ਬਾਹਮਣੀ ਸਟੇਟ ਨੇ ਜਿਹਨੇ ਸਾਨੂੰ, ਜਿਹਦੀ ਖਾਤਰ ਆਪਾਂ ਸਾਰਾ ਕੁਛ ਕੀਤਾ ਆ, ਅਤੇ ਉਹਨਾਂ ਨੇ ਦੱਸ ਦਿੱਤਾ ਤੀਜਾ ਵੱਡਾ ਘੱਲੂਘਾਰਾ ਕਰਕੇ। ਇਤਿਹਾਸ ਵਿੱਚ ਇਹ ਵੀ ਹੋ ਨਿਬੜਿਆ ਕਿ 2 ਨਹੀਂ 3 ਘੱਲੂਘਾਰੇ ਹੋਏ ਆ ਸਾਡੇ ਉੱਤੇ, ਅਤੇ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਘਾਣ ਇਸ ਘੱਲੂਘਾਰੇ ਦੇ ਵਿੱਚ ਸਿੱਖਾਂ ਦਾ ਹੋਇਆ, ਸਾਡੇ ਬੱਚਿਆਂ ਦਾ ਹੋਇਆ। ਸਾਧ ਸੰਗਤ ਜੀ, ਸਾਰੇ ਸਿੱਖਾਂ ਨੂੰ, ਸਾਰੇ ਨਾਨਕ ਨਾਮ ਲੇਵਾ ਨੂੰ, ਸਾਰੇ ਹਿਊਮਨਿਟੀ ਨੂੰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਉਸ ਦਿਨ ਤੋਂ ਸਾਡੀ ਲਕੀਰ ਖਿੱਚ ਹੋ ਗਈ ਸੀ। ਸੰਤਾਂ ਨੇ ਕਹਿ ਦਿੱਤਾ ਸੀਗਾ ਕਿ ਇੱਥੇ ਅਗਰ ਇੰਡੀਅਨ ਸਟੇਟ ਦੇ ਫੌਜੀਆਂ ਦੇ ਇੱਥੇ ਗੰਦੇ ਬੂਟ ਪਏ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੰਤਾਂ ਨੇ ਬਚਨ ਕਰ ਦਿੱਤੇ, ਉਹਨਾਂ ਮਹਾਂਪੁਰਸ਼ਾਂ ਨੇ ਜਿਨ੍ਹਾਂ ਨੇ ਆਪਣੀ ਪੂਰੀ ਕਮਾਈ ਕੀਤੀ, ਸੰਤ ਅਤੇ ਸਿਪਾਹੀ ਦਾ ਫਰਜ਼ ਨਿਭਾ ਦਿੱਤਾ। ਅਤੇ ਹੁਣ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ
ਆਪਾਂ ਕੰਧਾਂ ਵੀ ਉਸਾਰ ਦਿੱਤੀਆਂ, ਕੱਲੀਆਂ ਨੀਆਂ ਨਹੀਂ ਬਣੀਆਂ, ਕੰਧਾਂ ਵੀ ਉਸਾਰ ਦਿੱਤੀਆਂ, ਬੂਹੇ ਬਾਰੀਆਂ ਲੈਂਟਰ ਵੀ ਰੱਖ ਦਿੱਤੇ। ਬਸ ਹੁਣ ਛੱਤ ਪਾਉਣ ਵਾਲਾ ਕੰਮ ਬਾਕੀ ਹੈ ਜੀ। ਬਹੁਤ ਬਹੁਤ ਧੰਨਵਾਦ ਤੇ ਤੁਹਾਡਾ, ਬਹੁਤ ਧੰਨਵਾਦ, ਬਹੁਤ ਚੜ੍ਹਦੀ ਮਿਹਰਬਾਨੀ। ਕਲਾ ਬਸ ਬਖਸ਼ੇ, ਆਪ ਜਿਸ ਤਰ੍ਹਾਂ ਸੇਵਾ ਕਰਦੇ ਆਪਾਂ ਰਹੋ। ਸਾਰਿਆਂ ਨੇ ਹੁਣ ਇਹ ਛੱਤ ਮੁਕੰਮਲ ਕਰਨੀ ਆ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ। ਤੇ ਖਾਲਿਸਤਾਨ ਦਾ ਜਿਹੜਾ ਸਾਡਾ ਕਿਲਾ ਬਣ ਕੇ ਤਿਆਰ ਹੋ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੌਮ ਦੀ ਸੇਵਾ ਕਰ ਰਹੇ ਨੌਜਵਾਨ, ਆਓ ਆਪਾਂ ਇਹਨਾਂ ਤੁਹਾਨੂੰ ਰੂਬਰੂ ਕਰਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਟੀਵੀ 84 ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਬਾਊ ਜੀ, ਜੋ ਕੌਮ ਦੇ ਨਾਲ ਸੁਨੇਹਾ ਜੀ। ਭਾਜੀ ਕੌਮ ਦੇ ਨਾਲ ਸੁਨੇਹਾ ਤਾਂ ਨਹੀਂ ਦੇ ਸਕਦੇ, ਬੇਨਤੀਆਂ ਨੇ ਵੀ ਕੌਮ ਦੀ ਆਜ਼ਾਦੀ ਦੀ ਗੱਲ ਆ। ਹਰ ਇੱਕ ਨੌਜਵਾਨ ਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਵੀ ਪੰਜਾਬ ਗੁਲਾਮ ਆ। ਜੇ ਪੰਜਾਬ ਦੀ ਗੁਲਾਮੀ ਤੋਂ ਉਰੇ ਪਰੇ ਕੋਈ ਵੀ ਗੱਲ ਕਰੇ, ਤੁਸੀਂ ਹਰ ਉਸ ਬੰਦੇ ਨੂੰ ਸਵਾਲ ਕਰੋ ਕਿ ਭਾਜੀ ਪੰਜਾਬ ਦੀ ਆਜ਼ਾਦੀ ਦੀ ਗੱਲ ਕਰੋ, ਪੰਜਾਬ ਦੀ ਆਜ਼ਾਦੀ ਹੀ ਹੱਲ ਆ। ਭਾਵੇਂ ਉਹ ਕਿਸੇ ਵੀ ਤਰੀਕੇ ਦੇ ਨਾਲ ਮਿਲਦੀ ਹੋਵੇ, ਤੁਸੀਂ ਪੂਰੀ ਸਪੋਰਟ ਕਰੋ ਹਰ ਉਸ ਜਥੇਬੰਦੀ ਦੀ, ਹਰ ਉਸ ਸ਼ਖਸ ਦੀ ਜਿਹੜਾ ਇਹ ਨਾਰਾ ਦੇਵੇ ਕਿ ਖਾਲਿਸਤਾਨ, ਪੰਜਾਬ ਹੱਲ ਖਾਲਿਸਤਾਨ, ਦਿੱਲੀ ਬਣੇਗਾ ਖਾਲਿਸਤਾਨ, ਪੰਜਾਬ ਦੇ ਮਸਲਿਆਂ ਦਾ ਹੱਲ ਖਾਲਿਸਤਾਨ ਜੀ। ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਹ ਕੌਮ ਦੇ ਨਾਲ ਸੁਨੇਹਾ ਦਿੱਤਾ। ਇਸ ਵੇਲੇ ਸਾਡੀ ਜੋ ਲੜਾਈ ਹੈ ਦੁਨੀਆ ਤੇ, ਜੋ ਵੀ ਹਿੰਦੁਸਤਾਨ ਸਿੱਖਾਂ ਨਾਲ ਕਰ ਰਹੀ ਹੈ, ਜੋ ਰੋਜ਼ ਸੂਰਜ ਚੜ੍ਹਦਾ ਹੈ, ਹਰ ਰੋਜ਼ ਕੋਈ ਨਾ ਕੋਈ ਨਵਾਂ ਜ਼ੁਲਮ ਦਾ ਉਹ ਇਤਿਹਾਸ ਚੈਪਟਰ ਸ਼ੁਰੂ ਕਰਦੀ ਹੈ। ਸੋ ਤੁਸੀਂ ਸੁਨੇਹਾ ਦਿੱਤਾ ਕੌਮ ਦੇ ਨਾਲ, ਕੌਮ ਦੀ ਆਜ਼ਾਦੀ ਹੀ ਕੌਮ ਦੀ ਸਮੱਸਿਆ ਹੱਲ ਹੈ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪ ਜੀ ਸਿੱਖ ਜਸਟਿਸ ਦੇ ਨਾਲ ਕੰਮ ਕਰ ਰਹੇ ਹੋ, ਬੜੇ ਤਕੜੇ ਹੋ ਕੇ। ਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ, ਇਸ ਤਰ੍ਹਾਂ ਡਟੇ ਰਹੋ ਤੇ ਕੌਮ ਦੇ ਨਾਲ ਸੁਨੇਹਾ ਦਿੰਦੇ ਰਹੋ। ਜੰਗ ਜਾਰੀ ਹੈ, ਆਪਾਂ ਜਿੱਤਾਂਗੇ ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ, ਜਾਰੀ ਰਹਿਣੀ ਚਾਹੀਦੀ। ਵਾਹ ਖਾਲਸਾ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਮੁੱਖ ਪ੍ਰਬੰਧਕਾਂ ਦੇ ਵਿੱਚੋਂ ਆਪ ਤੁਹਾਡਾ ਸਾਂਝ ਪਾਉਣ ਜਾ ਰਹੇ ਹਾਂ। ਆਪ ਜੀ ਨਾਲ ਸੁਨੇਹਾ ਸਰਵਣ ਕਰੋਗੇ ਉਹਨਾਂ ਪਾਸੋਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਦਾ ਕੋਟ-ਕੋਟ ਧੰਨਵਾਦ ਹੈ ਕਿ ਉਹਨਾਂ ਨੇ ਸਾਨੂੰ ਇੰਨੀ ਸਮਰੱਥਾ ਦਿੱਤੀ ਕਿ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਮਹਾਨ ਸ਼ਹੀਦਾਂ ਦੀ, ਬੱਚਿਆਂ ਦੀ, ਬੀਬੀਆਂ ਦੀ 1984 ਵਿੱਚ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ। ਅੱਜ ਕਿੱਥੇ ਇਕੱਠੇ ਹੋਏ ਹਾਂ, ਸਤਿਗੁਰ ਦੀ ਕਿਰਪਾ ਹੈ। ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ, ਸੈਨ ਫਰਾਂਸਿਸਕੋ ਦੀ ਧਰਤੀ ਤੇ ਸੰਗਤਾਂ ਪਹੁੰਚ ਰਹੀਆਂ ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਹੋ ਸਾਰਾ ਇਸ ਤਰ੍ਹਾਂ ਅਸੀਂ ਜੋੜ ਮੇਲੇ ਮਨਾ ਕੇ ਉਹਨਾਂ ਸ਼ਹੀਦਾਂ ਦੇ ਗੁਣ ਗਾਉਂਦੇ ਆ। ਮਨ 'ਚ ਥੋੜ੍ਹਾ ਬਹੁਤਾ ਵਿਰਾਗ ਵੀ ਹੁੰਦਾ ਕਿ ਇਹਦੇ ਛੋਟੇ ਛੋਟੇ ਬੱਚਿਆਂ ਨੂੰ ਕਿਵੇਂ ਕੋਹ ਕੇ ਮਾਰਿਆ ਗਿਆ, ਬੱਚੀਆਂ ਨੂੰ ਸਾਡੀਆਂ ਨੂੰ ਸ਼ਹੀਦ ਕੀਤਾ ਗਿਆ, ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਸਾਡੇ ਇੰਨੇ ਗੁਰਦੁਆਰਿਆਂ ਦਾ ਇੰਨਾ ਨੁਕਸਾਨ ਕੀਤਾ, ਸਾਡੇ ਅਕਾਲ ਤਖਤ ਨੂੰ ਢਹਿ ਢੇਰੀ ਕੀਤਾ। ਪਰ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਕੌਮ ਹੋਰ ਵੀ ਚੜ੍ਹਦੀ ਕਲਾ ਵਿੱਚ ਆਈ, ਇਹ ਕੌਮ ਦੇ ਵਿੱਚ ਹੋਰ ਵੀ ਰੂਹ ਫੂਕੀ ਗਈ ਤੇ ਆਪਣੇ ਘਰ ਲਈ ਹਮੇਸ਼ਾ ਜੱਦੋ-ਜਹਿਦ ਕਰਨ ਦਾ ਤਹਿਦ ਕੀਤਾ। ਅੱਜ ਡਾਇਸਪੋਰ ਅਮਰੀਕਾ, ਕੈਨੇਡਾ, ਸਾਰੇ ਦੇਸ਼ਾਂ ਦੇ ਵਿੱਚ ਜਿਹੜੀ ਲਹਿਰ ਨੂੰ ਉਹ ਦਬਾਉਣਾ ਚਾਹੁੰਦੇ ਸੀ, ਉਹ ਹੋਰ ਵੀ ਚਮਕੀ ਲਹਿਰ। ਤੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਆਪਣਾ ਰਾਜ ਭਾਗ ਜਲਦੀ ਤੋਂ ਜਲਦੀ ਦੇਣ ਤੇ ਉਸ ਰਾਜ ਭਾਗ ਨੂੰ ਸੰਭਾਲਣ ਦਾ ਆਪ ਹੀ ਚੱਜ ਬਖਸ਼ਣ। ਆਓ ਸੰਗਤੋ, ਜਿਹੜੇ ਵੀ ਅਜੇ ਘਰਾਂ 'ਚ ਬੈਠੇ ਆ, ਅਜੇ ਵੀ ਟਾਈਮ ਹੈਗਾ, 88 ਸੈਕੰਡ ਸਟਰੀਟ ਤੇ ਆ ਕੇ ਆਪਾਂ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰੀਏ। ਧੰਨਵਾਦ ਆ ਸਾਰੇ ਮੀਡੀਆ ਤੇ ਸਾਰੀਆਂ ਸੰਗਤਾਂ ਦਾ ਜਿਹੜੀਆਂ ਪਹੁੰਚ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਨਾਲ ਡਾਕਟਰ ਪ੍ਰਿਤਪਾਲ ਸਿੰਘ ਜੀ ਪਹੁੰਚੇ ਹੋਏ ਨੇ। ਆਪਾਂ ਉਹਨਾਂ ਦੇ ਵਿਚਾਰ ਅੱਜ ਕੌਮ ਦੇ ਨਾਂ ਸੁਨੇਹਾ ਦੇਣਗੇ। ਸੋ ਆਓ ਆਪਾਂ ਉਹਨਾਂ ਦੇ ਵਿਚਾਰ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੇ ਏਰੀਏ ਦੀਆਂ ਤੇ ਕੈਲੀਫੋਰਨੀਆ ਦੀਆਂ ਸਮੂਹ ਸੰਗਤਾਂ, ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕ ਤੇ ਸੰਗਤਾਂ ਅੱਜ ਜੂਨ ਦੇ ਹਵਾਲੇ ਦੇ ਨਾਲ, 6 ਜੂਨ ਦੇ ਹਵਾਲੇ ਦੇ ਨਾਲ ਅਸੀਂ ਅੱਜ ਇੱਥੇ ਇਕੱਤਰ ਹੋਏ ਹਾਂ। ਅੱਜ ਜਿਹੜਾ ਇਹ ਸ਼ਹੀਦੀ ਸਮਾਗਮ, ਸ਼ਹੀਦੀ ਨਗਰ ਕੀਰਤਨ, ਸੋਵਰੈਂਟੀ ਰੈਲੀ ਤੇ ਜੋ ਨਗਰ ਕੀਰਤਨ ਨਿਕਲ ਰਿਹਾ ਤੇ ਸਾਡੇ ਜਿਹੜੇ ਸਾਕਾ ਦਰਬਾਰ ਸਾਹਿਬ ਦੇ ਜਿਹੜੇ
ਸਮੂਹ ਸ਼ਹੀਦ ਆ, ਉਹਨਾਂ ਦੀ ਯਾਦ ਵਿੱਚ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਹ ਜੋ ਪ੍ਰੋਗਰਾਮ ਅਸੀਂ ਇੱਥੇ ਸੰਗਤਾਂ ਵੱਲੋਂ ਆਯੋਜਿਤ ਕਰ ਰਹੇ ਹਾਂ। ਅਸੀਂ ਦੇਖ ਰਹੇ ਹਾਂ ਕਿ ਸੰਗਤਾਂ ਹੁਮ-ਹੁਮਾ ਕੇ ਪਹੁੰਚ ਰਹੀਆਂ। ਅੱਜ ਦਾ ਸਾਰਾ ਦਿਨ ਦਾ ਜਿਹੜਾ ਪ੍ਰੋਗਰਾਮ ਹੈ, ਇੱਥੋਂ ਨਗਰ ਕੀਰਤਨ ਪਹਿਲਾਂ ਸਿਵਕ ਸੈਕਟਰ ਜਾਏਗਾ ਅਤੇ ਉੱਥੇ ਪੰਥਕ ਬੁਲਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਦੂਰ ਨੇੜੇ ਤੋਂ ਸੰਗਤਾਂ ਜਿਹੜੀਆਂ ਆਈਆਂ ਹੋਈਆਂ ਨੇ, ਖਾਸ ਤੌਰ 'ਤੇ ਵਾਸ਼ਿੰਗਟਨ DC ਤੋਂ, ਨਿਊਯਾਰਕ ਤੋਂ ਡਾਕਟਰ ਅਮਰਜੀਤ ਸਿੰਘ ਜਿਹੜੇ ਕਿ ਸੰਚਾਲਕ ਨੇ TV 84 ਦੇ, TV 84 ਦੀ ਸਾਰੀ ਸਮੁੱਚੀ ਟੀਮ ਪਹੁੰਚੀ ਹੋਈ ਹੈ। ਜਿੱਥੇ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ, ਉੱਥੇ ਮੀਡੀਆ ਦਾ ਅਤੇ ਵਿਸ਼ੇਸ਼ ਤੌਰ 'ਤੇ TV 84 ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਹਮੇਸ਼ਾ ਜਿਹੜੀ ਪੰਥਕ ਸੋਚ ਆ, ਪੰਥਕ ਗੱਲ ਨੂੰ ਇਹ ਸੰਗਤਾਂ ਤੱਕ ਪਹੁੰਚਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਠੀਕ ਹੈ ਡਾਕਟਰ ਸਾਹਿਬ, ਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ। ਆਪ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਨਾਲ ਭਾਈ ਜਸਵੰਤ ਸਿੰਘ ਜੀ ਹੋਠੀ, ਜੋ ਅਮਰੀਕਨ ਗੁਰਦੁਆਰਾ ਪ੍ਰਬੰਧਕਾਂ ਦੇ ਮੁੱਖ ਸੇਵਾਦਾਰ ਨੇ, ਉਹ ਇੱਥੇ ਪਹੁੰਚੇ ਹੋਏ ਨੇ ਇਸ ਪਰੇਡ 'ਤੇ। ਆਓ ਉਹਨਾਂ ਨਾਲ ਵਿਚਾਰ ਆਪਾਂ ਆਪ ਜੀ ਨਾਲ ਸਾਂਝੇ ਕਰਦੇ ਹਾਂ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਸਿੱਖ ਸੰਗਤਾਂ ਅੱਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਦਿਹਾੜੇ 'ਤੇ ਅਤੇ 1984 ਦੇ ਵਿੱਚ ਹੋਏ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸੈਨ ਫਰਾਂਸਿਸਕੋ ਨਗਰ ਕੀਰਤਨ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਤੋਂ ਸਮੁੱਚੀਆਂ ਸੰਗਤਾਂ ਲੈ ਕੇ ਸ਼ਾਮਲ ਹੋਏ ਹਾਂ। ਆਓ ਗੁਰੂ ਪਿਆਰੀ ਸਾਧ ਸੰਗਤ ਜੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਸਭਨਾਂ ਨੂੰ ਇਹ ਬਲ ਬਖਸ਼ੇ ਕਿ ਜੋ ਸਿੱਖ ਕੌਮ ਦੇ ਨਾਲ 1984 ਦੇ ਵਿੱਚ ਵਾਪਰਿਆ ਜਾਂ ਅੱਜ ਵਾਪਰਿਆ ਹੈ, ਸਾਨੂੰ ਰਲ ਮਿਲ ਕੇ ਉਹਦੇ ਨਾਲ ਜੂਝਣ ਦਾ ਗੁਰੂ ਮਹਾਰਾਜ ਬਲ ਬਖਸ਼ਣ। ਮੇਰੇ ਨਾਲ ਬਲਬੀਰ ਸਿੰਘ ਜੀ ਢਿੱਲੋਂ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਨੇ। ਅਸੀਂ ਸਾਰੇ ਹੀ ਗੁਰਦੁਆਰਾ ਸਾਹਿਬ ਤੋਂ ਸੰਗਤਾਂ ਨੂੰ ਲੈ ਕੇ ਆਏ ਹਾਂ। ਅਰਦਾਸ ਹੈ ਸੱਚੇ ਪਾਤਸ਼ਾਹ ਅੱਜ ਦਾ ਜਿਹੜਾ ਪ੍ਰੋਗਰਾਮ ਆ ਵੱਧ ਤੋਂ ਵੱਧ ਸਮੇਤ ਪਰਿਵਾਰਾਂ ਪਹੁੰਚ ਕੇ ਰੌਣਕਾਂ ਨੂੰ ਵਧਾਈਏ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਆਪਾਂ ਜੋ ਬੜੀ ਲੰਬੇ ਸਮੇਂ ਤੋਂ ਪੰਥ ਦੀ ਸੇਵਾ ਕਰਦੇ ਸਿੰਘ ਆ ਰਹੇ ਨੇ, ਉਹਨਾਂ ਨਾਲ ਆਪ ਜੀ ਦੇ ਬਚਨ ਸਾਂਝੇ ਕਰਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰਿਆਂ ਨੂੰ ਜਿਵੇਂ ਪਤਾ ਹੀ ਹੈਗਾ, ਇਹ 42ਵਾਂ ਜਿਹੜਾ 84 ਦਾ ਹੈਗਾ, 1984 ਦਾ ਸ਼ਹੀਦੀ ਦਿਹਾੜਿਆਂ ਦਾ ਜਿਹੜਾ ਹੈਗਾ ਆਪਣਾ ਦਿਵਸ ਮਨਾਇਆ ਜਾ ਰਿਹਾ ਹੈ। ਤੇ ਸਾਰਿਆਂ ਨੂੰ ਬੇਨਤੀ ਹੈ ਕਿ ਹੁਮ-ਹੁਮਾ ਕੇ ਪਹੁੰਚੋ। ਜਿਹੜੇ ਹਾਲੇ ਰਾਜ ਹੈ ਤੇ ਉਹ ਪਹੁੰਚ ਜਾਣ ਜੀ। ਤੇ ਬਾਕੀ ਜਿਹੜੇ ਸਾਡੇ ਵੱਲੋਂ ਕੈਲੀਫੋਰਨੀਆ ਗੱਤਕਾ ਦਲ ਵੱਲੋਂ ਜਿਹੜਾ ਕਿ ਹਮੇਸ਼ਾ ਖਾਲਿਸਤਾਨ ਲਈ ਖੜਾ ਹੁੰਦਾ ਹੈ ਤੇ ਖਾਲਿਸਤਾਨ ਲਈ ਅਸੀਂ ਖੜੇ ਰਹਾਂਗੇ। ਤੇ ਸਾਡੇ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇੱਕ ਤਾਂ ਗੱਤਕਾ ਸਿਖਾਓ, ਸਿੱਖੀ 'ਚ ਲਿਆਓ ਤੇ ਨਾਲ ਖਾਲਿਸਤਾਨ ਬਾਰੇ ਜਾਣਕਾਰੀ ਜ਼ਰੂਰ ਦਿਓ। ਜ਼ਰਾ ਗੱਤਕਾ ਦਲ ਬਾਰੇ ਦੱਸੋ ਵੀ ਕਦੋਂ ਤੁਸੀਂ ਇਹਨੂੰ ਫਾਊਂਡ ਕੀਤਾ ਹੈ ਔਰ ਕੀ ਪ੍ਰੋਗਰੈਸ ਹੈ, ਕਿੰਨੇ ਤੁਹਾਨੂੰ ਹੁੰਗਾਰਾ ਮਿਲਿਆ? ਜਿਹੜਾ ਕੈਲੀਫੋਰਨੀਆ ਗੱਤਕਾ ਦਲ ਹੈ, ਅਸੀਂ 89 ਦੇ ਵਿੱਚ ਸਟਾਰਟ ਕੀਤਾ ਸੀ, 1989 ਦੇ ਵਿੱਚ। ਤੇ ਇਸ ਟਾਈਮ ਜਿਹੜਾ ਹੈਗਾ ਸਾਡੇ ਕੋਲ ਕੋਈ 700-800 ਸਟੂਡੈਂਟਸ ਹੈਗਾ ਜਿਹੜੇ ਕਿ ਖੇਡਦੇ ਨੇ। ਤੇ ਮਹਾਰਾਜ ਦੀ ਬਹੁਤ ਅਪਾਰ ਕਿਰਪਾ ਹੈਗਾ। ਸਾਰੇ ਜਿਹੜੇ ਬੱਚੇ ਹੈਗੇ ਆ ਬਹੁਤ ਚੜ੍ਹਦੀ ਕਲਾ 'ਚ ਨੇ, ਬਾਣੀ ਦੇ ਜਿਹੜੇ ਧਾਰਨੀ ਹੈਗੇ ਨੇ ਤੇ ਹੁਣ ਪਹੁੰਚਣ ਵਾਲੇ ਹਨ। ਤੇ ਆਪ ਜੀ ਨੇ ਦੇਖਣੇ ਵੀ ਹਨ, ਉਹਨਾਂ ਨੂੰ ਵੀ ਉਤਸ਼ਾਹਿਤ ਕਰੋ। ਤੇ ਹੋਰ ਜਿਹੜੇ ਕੋਈ ਜਿਹੜੀਆਂ ਕਮੀਆਂ ਹੈ ਜਾਂ ਕੁਝ ਹੋਰ ਹੈ ਉਹ ਵੀ ਸਾਨੂੰ ਦੱਸੋ। ਤੁਸੀਂ ਕਿਉਂ ਸਮਝਦੇ ਹੋ ਕਿ ਅੱਜ ਦੇ ਪੀਰੀਅਡ 'ਚ ਨੌਜਵਾਨ ਬੱਚਿਆਂ ਲਈ ਸ਼ਸਤਰ ਵਿੱਦਿਆ ਸਿੱਖਣਾ ਬਹੁਤ ਜ਼ਰੂਰੀ ਹੈ? ਕਿਉਂ ਤੁਹਾਨੂੰ ਇਹਦੀ ਅਹਿਮੀਅਤ ਲੱਗਦੀ ਹੈ? ਦੇਖੋ ਜੀ, ਜੇ ਸ਼ਸਤਰ ਨਹੀਂ ਹੈਗਾ, ਠੀਕ ਹੈ ਨਾ ਜੀ, ਮਹਾਰਾਜ ਕਹਿੰਦੇ ਅਸ ਕਿਰਪਾਨ ਖੰਡੋ ਖੜਕ ਤੁਮਕ ਤਬਰਾ ਤੀਰ ਸਹਿਬ ਸਰੋਹੀ ਸਹਿਤੀ ਜੇ ਹਮਾਰੇ ਪੀਰ। ਇਹ ਪੀਰ ਹੈ ਸਾਡੇ, ਠੀਕ ਹੈ ਨਾ। ਤੇ ਆਪਣੇ ਕੋਲ ਸ਼ਸਤਰ ਨਹੀਂ ਹੈਗਾ ਤੇ ਆਪਾਂ ਨੇ ਦੇਖਿਆ ਹੀ, ਆਪਾਂ ਨੂੰ ਥਾਂ ਥਾਂ ਤੇ ਮਾਰਾਂ ਪੈਂਦੀਆਂ ਨਹੀਂ। ਆਪਾਂ ਨੂੰ ਦਿੱਲੀ 'ਚ ਵੀ ਮਾਰ ਪਈ ਹੈ ਨਾ, ਆਪਾਂ ਨੂੰ ਹੋਰ ਜਿਹੜੀਆਂ ਬਾਹਰਲੀਆਂ ਸਟੇਟਾਂ ਸੀ ਉਹਨਾਂ 'ਚ ਵੀ ਮਾਰ ਪਈ। ਤੇ ਹਾਲੇ ਵੀ ਪੰਜਾਬ 'ਚ ਵੀ ਆਪਾਂ ਨੂੰ ਜਿਨ੍ਹਾਂ ਕੋਲ ਸ਼ਸਤਰ ਨਹੀਂ ਹੁੰਦਾ ਹੈ ਨਾ, ਤੇ ਉਹ ਬਾਹਰਲੇ ਜਿਹੜੇ ਨਿਵਾਸੀ ਹੈਗੇ ਆ ਆਪਣੇ ਸਿੰਘਾਂ ਨੂੰ ਘੇਰਦੇ ਹੈਗੇ ਆ। ਸੋ ਸਾਰਿਆਂ ਨੂੰ ਬੇਨਤੀ ਹੈਗਾ ਵੀ ਸ਼ਸਤਰਧਾਰੀ ਜ਼ਰੂਰ ਹੋਵੋ, ਜ਼ਰੂਰ ਗੱਤਕਾ ਸਿੱਖੋ ਤੇ ਆਪਣੇ ਬੱਚਿਆਂ ਨੂੰ ਸਿਖਾਓ, ਜਿਹਦੇ ਨਾਲ ਸਿੱਖੀ ਜਿਹੜੀ ਹੈ ਪ੍ਰਫੁੱਲਤ ਹੋਵੇ ਜੀ।
ਜਸਪ੍ਰੀਤ ਸਿੰਘ ਜੀ, ਤੁਸੀਂ ਸੰਘਰਸ਼ ਦੇ ਵਿੱਚ ਵੀ ਸੇਵਾ ਕੀਤੀ, ਇੱਥੇ ਵੀ ਤੁਹਾਡੀ ਬਹੁਤ ਵੱਡੀ ਦੇਣ ਜਿਹੜੀ ਗੱਤਕੇ ਰਾਹੀਂ ਬੱਚੇ ਬੱਚੀਆਂ ਡਰੱਗਸ ਜਾਂ ਹੋਰ ਵਕਾਰਾਂ ਵੱਲ ਜਾਣ ਵਾਲੇ ਨੇ ਉਹਨਾਂ ਨੂੰ ਤੁਸੀਂ ਸਿੱਖੀ ਵੱਲ ਮੋੜਿਆ। ਤੁਸੀਂ ਕੀ ਕਦੇ ਫਰਕ ਮਹਿਸੂਸ ਕੀਤਾ ਕਿ ਜਿਹੜਾ ਪੰਜਾਬ ਦੇ ਵਿੱਚ ਗਰੋ ਅਪ ਹੁੰਦਾ ਯੂਥ ਸੀ ਜਾਂ ਹੈ, ਔਰ ਜਿਹੜੇ ਇੱਥੋਂ ਦੇ ਜੰਮੇ ਪਲੇ ਬੱਚੇ ਨੇ ਉਹਨਾਂ ਤੱਕ ਤੁਸੀਂ ਕਿਵੇਂ ਇਸ ਮੈਸੇਜ ਨੂੰ ਪਹੁੰਚਾਉਂਦੇ ਹੋ? ਕੋਈ ਫਰਕ ਮਹਿਸੂਸ ਕਰਦੇ ਹੋ ਇੱਥੋਂ ਦੇ ਜੰਮਪਲ ਹੋਣ ਦਾ ਜਾਂ ਇੱਥੋਂ ਦੇ ਜਿਹੜੇ ਓਵਰਆਲ ਕਲਚਰ ਦਾ? ਦੇਖੋ ਜੀ, ਹਰੇਕ ਜਿਹੜਾ ਕਲਚਰ ਹੈਗਾ, ਜਿਹੜਾ ਪੰਜਾਬ ਦਾ ਹੈਗਾ, ਕੋਈ ਪੰਜਾਬ ਦਾ ਆਪਣਾ ਧੁਰਾ ਹੈਗਾ, ਤੇ ਉੱਥੇ ਆਪਾਂ ਜਿਹੜਾ ਹੈਗਾ ਗੁਰੂ ਸਥਾਨਾਂ ਤੇ ਵੀ ਜਾ ਸਕਦੇ ਹਾਂ, ਦਰਬਾਰ ਸਾਹਿਬ ਵੀ ਜਾ ਸਕਦੇ ਹਾਂ ਆਪਾਂ, ਉੱਥੇ ਸਿੱਖੀ ਜ਼ਿਆਦਾ ਉਹ ਹੈਗੀ। ਇੱਥੇ ਦੇ ਜਿਹੜੇ ਹੈਗੇ ਬੱਚੇ, ਉਹਨਾਂ ਨੂੰ ਜਿਹੜਾ ਸਿੱਖੀ 'ਚ ਲਿਆਉਣ ਲਈ ਤੁਹਾਨੂੰ ਉਹਨਾਂ ਨੂੰ ਦੱਸਣਾ ਪੈਣਾ, ਠੀਕ ਹੈ ਕਿ ਨਹੀਂ? ਉਹ ਜੇ ਤੁਸੀਂ ਛੋਟੀ ਏਜ ਤੋਂ ਹੀ ਦੱਸੋਗੇ ਤਾਂ ਹੀ ਕਾਮਯਾਬ ਹੋਵੋਗੇ, ਨਹੀਂ ਤੇ ਬੱਚੇ ਨਹੀਂ ਤਾਂ ਪਤਾ ਹੀ ਆ ਵੀ ਵੈਸਟਰਨ ਕਲਚਰ ਹੈਗਾ, ਤੇ ਵੈਸਟਰਨ ਕਲਚਰ ਦੇ ਵਿੱਚ ਬੱਚੇ ਜਿਹੜੇ ਹੈਗੇ ਆ ਉਹ ਗਲਤ ਪਾਸੇ ਨੂੰ ਤੁਰ ਪੈਂਦੇ ਹਨ ਜੀ, ਠੀਕ ਹੈ ਨਾ ਜੀ। ਇੱਕ ਮੈਂ ਇਹ ਜਾਣਨਾ ਚਾਹੁੰਦਾ ਸੀ ਵੀ ਹੁਣ ਕੁਝ ਨਿਹੰਗ ਬਾਣੇ 'ਚ ਜਾਂ ਪੁਰਾਤਨ ਖਾਲਸਾਈ ਬਾਣੇ 'ਚ ਇਸ ਕਿਸਮ ਦੀਆਂ ਸੰਪਰਦਾਵਾਂ ਉੱਗ ਪਈਆਂ ਜਿਹੜੀਆਂ ਬੱਚਿਆਂ ਨੂੰ ਕਿਤੇ ਭੰਗ ਨਾਲ, ਨਸ਼ੇ ਜਾਂ ਦੁਰਾਚਾਰ ਨੂੰ ਵੀ ਜਸਟੀਫਾਈ ਕਰਦੀਆਂ, ਔਰ ਬੜੀ ਤੇਜ਼ੀ ਨਾਲ ਉਹਨਾਂ ਦਾ ਫੈਲਾਅ ਹੋ ਰਿਹਾ, ਜਿਨ੍ਹਾਂ ਪਿੱਛੇ ਮੈਨੂੰ ਲੱਗਦਾ ਹੈ ਵੀ ਭਾਰਤੀ ਹਕੂਮਤ ਦਾ ਹੱਥ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਕਿਵੇਂ ਇਹ ਜਿਹੜੀਆਂ ਗੈਰ ਸਿੱਖ ਗੱਲਾਂ ਨੇ ਉਹਨਾਂ ਨੂੰ ਪੁਰਾਤਨ ਮਰਿਆਦਾ ਨਾਲ ਜੋੜ ਕੇ ਨੀਲੇ ਬਾਣੇ ਦੇ ਵਿੱਚ ਉਹਨੂੰ ਪ੍ਰਚਾਰਿਆ ਜਾ ਰਿਹਾ, ਔਰ ਇਹ ਬਹੁਤ ਨੁਕਸਾਨਦੇਹ ਹੈ। ਅਸੀਂ ਇਸ ਦਾ ਪ੍ਰਭਾਵ ਵੀ ਦੇਖ ਸਕਦੇ ਹਾਂ। ਆ ਜਿਹੜਾ ਇੰਗਲੈਂਡ ਦੇ ਵਿੱਚ ਇੱਕ ਵਾਕਿਆ ਹੋਇਆ, ਇੱਕ ਗੋਰੇ ਦਾ ਮਰਡਰ ਹੋਇਆ, ਉਹ ਵੀ ਇੱਕ ਨਿਡਰ ਸਿੰਘ ਨਾਂ ਦਾ ਬੰਦਾ ਜਿਹੜਾ ਸਨਾਤਨੀ ਹਿੰਦੂ ਧਰਮ ਦਾ ਪ੍ਰਚਾਰ ਕਰਦਾ ਹੈ, ਉਹਦਾ ਚੇਲਾ ਹੈ, ਔਰ ਲੱਗਦਾ ਵੀ ਇਹ RSS ਬੜੇ ਖਤਰਨਾਕ ਅੰਦਾਜ਼ ਸਾਡੇ ਖਾਲਸਾਈ ਬਾਣੇ ਦੇ ਵਿੱਚ ਐਂਟਰ ਕਰਕੇ ਨੁਕਸਾਨ ਕਰ ਰਿਹਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਆਪਾਂ ਨੂੰ ਜਿਹੜੇ ਅਕਾਲੀ ਬਾਬਾ ਫੂਲਾ ਸਿੰਘ, ਠੀਕ ਹੈ ਜੀ, ਜਿਨ੍ਹਾਂ ਨੇ ਰਾਜ ਭਾਗ ਲਈ ਲੜੇ ਹਨਾ, ਜਿਹੜੇ ਮਹਾਰਾਜਾ ਰਣਜੀਤ ਸਿੰਘ ਵਕਤ ਸੀਗੇ ਤੇ ਅਕਾਲ ਤਖਤ ਦੇ ਜਥੇਦਾਰ ਸੀ। ਉਸ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਜੀ, ਜਿਨ੍ਹਾਂ ਨੇ ਸ਼ਹੀਦੀ ਪਾਈ, ਠੀਕ ਹੈ ਨਾ। ਆਪਾਂ ਨੂੰ ਉਹਨਾਂ ਦੀ ਸਿੱਖਿਆ ਤੇ ਚੱਲਣਾ ਚਾਹੀਦਾ, ਨਾ ਕਿ ਅੱਜ ਦੇ ਜਿਹੜੇ ਅਜੋਕੇ ਹੈਗੇ ਆ ਉਹ RSS ਦੇ ਨਾਲ ਰਲੇ ਹੋਏ ਆ। ਚਲੋ ਇੱਕ ਦੋ ਜਥੇਬੰਦੀਆਂ ਹੈਗੀਆਂ ਜਿਹੜੀ ਨਹੀਂ ਹੈਗੀਆਂ, ਬਾਕੀ ਬਹੁਤਾਂਤ ਜਿਹੜੇ ਹੈਗੇ ਆ ਬਾਬੇ ਵੀ ਤੇ ਬਹੁਤਾਂਤ ਜਿਹੜੇ ਉਹ ਹੈਗੇ ਆ ਉਹ ਅੱਜ ਕੱਲ੍ਹ RSS ਨਾਲ ਰਲੇ ਹੋਏ ਆ। ਤੁਸੀਂ ਆਪ ਹੀ ਦੇਖ ਰਹੇ ਹੋ ਵੀ ਕੀ ਚੱਲ ਰਿਹਾ ਉੱਥੇ। ਉਹਨਾਂ ਤੋਂ ਦੇਖੋ, ਇਹ ਵੀ ਹੈਗਾ ਜਿਹੜਾ ਦੂਜਾ ਹੈਗਾ ਦਲ ਪੰਥ ਦੇ ਵਿੱਚ ਗੱਲਾਂ ਹੋਰ ਨੇ। ਉੱਥੇ ਘੋੜਿਆਂ ਦੀ ਸੇਵਾ ਹੁੰਦੀ ਆ, ਹੈ ਨਾ। ਜਿਹੜੇ ਸਿੰਘ ਆ 1-2 ਵਜੇ ਉੱਠਦੇ ਆ, ਬਾਣੀ ਪੜ੍ਹਦੇ, ਬਾਣੇ ਪੜ੍ਹਦੇ, ਹੈ ਨਾ, ਬਾਣੇ ਪਾਏ ਹੋਏ ਆ, ਤੇ ਇਹ ਹੈਗਾ ਵੀ ਸਾਰਾ ਦਿਨ ਬਾਹਰ ਭੱਜੇ ਫਿਰਨਾ ਹੁੰਦਾ, ਠੀਕ ਹੈ ਨਾ। ਉਹਨਾਂ ਦੀ ਮਰਿਆਦਾ ਉਹਨਾਂ ਨਾਲ ਹੈਗੀ। ਜਿਹੜੇ ਆਪਾਂ ਲੋਕੀ ਹੈਗੇ ਆ ਉਹ ਆਪਾਂ ਨੂੰ ਸੂਟ ਨਹੀਂ ਕਰਦੀ। ਉਹਦਾ ਕਾਰਨ ਇਹ ਹੈ ਕਿਉਂਕਿ ਆਪਾਂ ਗੱਡੀਆਂ 'ਚ ਉੱਠਦੇ ਆ, 에ਅਰ ਕੰਡੀਸ਼ਨਾਂ 'ਚ ਬੈਠੇ ਆ, ਠੀਕ ਹੈ ਕਿ ਨਹੀਂ। ਨਾ ਆਪਾਂ ਧੁੱਪੇ ਰਹਿ ਸਕਦੇ ਆ, ਜਾਣੀ ਕਿ ਨਾ ਆਪਾਂ ਠੰਡ 'ਚ ਰਹਿ ਸਕਦੇ ਆ। ਜਿਹੜੀ ਫੌਜ ਹੈਗੀ ਆ ਉਹ ਸਾਰਾ ਦਿਨ ਤੁਰੀ ਫਿਰਦੀ ਹੈ, ਜਿਹੜੀ ਉਹਨਾਂ ਦੀ ਮਰਿਆਦਾ ਉਹਨਾਂ ਨੂੰ ਹੈ। ਜਿਹੜੀ ਆਪਾਂ ਹੈਗੇ ਗੁਰਸਿੱਖ ਵਾਲੀ ਮਰਿਆਦਾ, ਆਪਾਂ ਉਹਦੇ ਧਾਰਨੀ ਹੋਈਏ, ਨਾ ਕਿ ਆਪਾਂ ਹੋਰ ਗਲਤ ਪਦਾਰਥਾਂ ਵੱਲ ਨੂੰ ਜਾਈਏ। ਕੋਈ ਮੈਸੇਜ ਤੁਸੀਂ ਅੱਜ ਦੇ ਨੌਜਵਾਨਾਂ ਲਈ ਔਰ ਖਾਸ ਤੌਰ ਤੇ ਮਾਪਿਓ ਲਈ, ਕਿਉਂਕਿ ਜਦੋਂ ਮਾਪੇ ਇਸ ਪਾਸੇ ਲੱਗੇ ਹੁੰਦੇ ਨੇ ਉਹ ਬੱਚਿਆਂ ਨੂੰ ਵੀ ਐਨਕਰੇਜ ਕਰਦੇ ਨੇ, ਕੋਈ ਸੁਨੇਹਾ ਦੇਣਾ ਚਾਹੋਗੇ? ਕਿਉਂਕਿ ਤੁਸੀਂ ਆਲਮੋਸਟ 4 ਦਹਾਕਿਆਂ ਤੋਂ ਤੁਹਾਡੇ ਨਾਲ ਅਸੀਂ ਵੀ ਗੁਜ਼ਾਰੇ ਨੇ, ਔਰ ਮੈਂ ਦੇਖ ਸਕਦਾ ਵੀ ਬੜੇ ਨਿਸ਼ਕਾਮ ਭਾਵਨਾ ਦੇ ਨਾਲ ਤੁਸੀਂ ਆਪਣਾ ਪਰਿਵਾਰ ਪਾਲਦਿਆਂ ਵੀ ਜਿੰਨੀ ਵੱਡੀ ਸੇਵਾ ਕੀਤੀ ਹੈ। ਅੱਜ ਇੱਕ ਕੋਸਟ ਟੂ ਕੋਸਟ ਅਸੀਂ ਦੇਖਦੇ ਹਾਂ ਕਿ ਬੱਚਿਆਂ 'ਚ ਸ਼ਸਤਰ ਵਿੱਦਿਆ ਦਾ ਉਤਸ਼ਾਹ ਹੈ। ਤੁਸੀਂ ਜਦੋਂ ਲੇਟ 80s ਦੇ ਵਿੱਚ ਇਸ ਨੂੰ ਸ਼ੁਰੂ ਕੀਤਾ ਐਲਸਾ ਬਰਾਂਟੇ ਤੋਂ, ਔਰ ਬਾਅਦ 'ਚ ਫਰੀਮਾਊਂਟ, ਉਦੋਂ ਬਹੁਤ ਉਂਗਲਾਂ ਤੇ ਗਿਣਨ ਵਾਲੇ ਹੀ ਸਿੰਘ ਸਨ। ਤੇ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਪੇਰੈਂਟਸ ਨੂੰ ਖਾਸ ਤੌਰ ਤੇ ਕਿ ਭਾਈ ਕਿਉਂ ਜ਼ਰੂਰੀ ਹੈ ਸਿੱਖੀ ਦਾ ਰਸਤਾ ਵੀ ਔਰ ਸ਼ਸਤਰ ਵਿੱਦਿਆ ਦਾ ਰਸਤਾ ਵੀ? ਹਾਂਜੀ, ਦੇਖੋ, ਜਿਹੜੀ ਬਾਣੀ ਸਭ ਤੋਂ ਪਹਿਲਾਂ ਬਾਣੀ ਆ, ਠੀਕ ਹੈ ਨਾ। ਬਾਣਾ ਬਾਅਦ 'ਚ, ਬਾਣੀ ਤੇ ਬਾਣਾ, ਠੀਕ ਹੈ ਕਿ ਨਹੀਂ। ਸਿੱਖਾਂ ਨੂੰ ਜਿਹੜਾ ਹੈਗਾ ਸੰਤ ਵੀ ਹੋਣਾ ਚਾਹੀਦਾ, ਸਿਪਾਹੀ ਵੀ ਹੋਣਾ ਚਾਹੀਦਾ, ਠੀਕ ਹੈ ਨਾ ਜੀ। ਤੇ ਉਸ ਲਈ ਇਹ ਹੈਗਾ ਵੀ ਆਪਣੇ ਬੱਚੇ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਬੇਨਤੀ ਇਹੀ ਹੈਗੇ ਵੀ ਬਾਣੀ ਜਿੰਨੀ ਵੱਧ ਤੋਂ ਵੱਧ ਤੁਸੀਂ ਕਰ ਸਕਦੇ ਹੋ, ਸੰਥਿਆ ਲਓ, ਕੀਰਤਨ ਕਰੋ, ਕਥਾ ਕਰੋ, ਹੈ ਨਾ, ਜਾਂ ਜਿੰਨਾ ਵੀ ਤੁਹਾਡਾ ਤੁਸੀਂ ਕਰ ਸਕਦੇ ਆ ਉਹ ਕਰੋ। ਤੇ ਨਾਲ ਸ਼ਸਤਰ ਵਿੱਦਿਆ ਸਿੱਖੋ, ਕਿਉਂਕਿ ਸ਼ਸਤਰ ਵਿੱਦਿਆ ਨਾ ਸਿੱਖੋਗੇ ਤਾਂ ਆਪਾਂ ਨੂੰ ਕੁੱਟ ਪੈਣੀ ਹੋਈ ਪੈਣੀ ਹੈ, ਠੀਕ ਹੈ ਨਾ। ਉਹ ਗੱਲ ਇਹ ਹੈਗਾ ਵੀ ਅੱਜ ਨਹੀਂ ਤਾਂ ਕੱਲ੍ਹ ਨਹੀਂ, ਹੈ ਨਾ। ਕੱਲ੍ਹ ਕਾਹਨੂੰ ਕਰਨੀ, ਤੇ ਅੱਜ ਹੀ ਆਪਣਾ ਜਿਹੜਾ ਹੈਗਾ ਸ਼ਸਤਰ ਵਿੱਦਿਆ ਸਿੱਖਣੀ ਸਟਾਰਟ ਕਰੋ। ਤੇ ਨਾਲ ਜਿਹੜੇ ਹੈਗੇ ਆਪਣੇ ਸਿੰਘ ਜਿੰਨੇ ਵੀ ਹੈਗੇ ਆ ਪਿੰਡਾਂ ਦੇ ਵਿੱਚ ਹੈਗੇ ਆ ਜਾਂ ਹੋਰ ਹੈਗੇ, ਜਿਵੇਂ ਸਾਡੇ ਵੀ ਉੱਥੇ ਹੁਣ ਚੱਲਦੇ ਆ 25-30 ਸਾਡੇ ਆਪਣੇ ਖਾੜੇ ਚੱਲਦੇ ਆ, ਉਹਨਾਂ ਦੇ ਵਿੱਚ ਸ਼ਸਤਰ ਵਿੱਦਿਆ ਵੀ ਚੱਲਦੀ ਆ, ਘੋੜਸਵਾਰੀ ਵੀ ਚੱਲਦੀ ਆ, ਤੇ ਉਹਦੇ ਵਿੱਚ ਜਿਹੜੇ ਹੈਗਾ ਆਪਣੀ ਸੰਥਿਆ ਦੀ ਵੀ ਕਲਾਸਾਂ ਚੱਲਦੀਆਂ, ਕੀਰਤਨ ਦੀ ਵੀ ਕਲਾਸਾਂ ਚੱਲਦੀਆਂ। ਤੇ ਉਸੇ ਤਰੀਕੇ ਸਾਰੇ ਜਿਹੜੇ ਸਿੰਘ ਹੈਗੇ ਇੱਥੇ ਵਾਲੇ ਹੈਗੇ ਆ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਇਹ ਜਿਹੜਾ ਪ੍ਰਚਲਿਤ ਕਰੋ।
ਜਿੰਨਾ ਵੱਧ ਤੋਂ ਵੱਧ ਆਪਾਂ ਪ੍ਰਚਾਰ ਕਰਾਂਗੇ ਉਨੇ ਬੱਚੇ ਬਚਣਗੇ। ਨਹੀਂ ਤਾਂ ਤੁਹਾਨੂੰ ਪਤਾ ਹੀ ਹੈਗਾ, ਦੇਖੋ ਪਹਿਲਾਂ 84 ਦੇ ਵਿੱਚ ਸ਼ਹੀਦ ਜਿਹੜੇ ਹੈਗੇ ਗੋਲੀਆਂ ਮਾਰਤੇ, ਤੇ ਹੁਣ ਜਿਹੜੇ ਹੈਗੇ ਆ ਨਸ਼ੇ ਨਾਲ ਮਾਰਨੇ। ਆਪਾਂ ਨਸ਼ਿਆਂ ਤੋਂ ਬਚਾਉਣਾ ਹੈ ਬੱਚਿਆਂ ਨੂੰ, ਕਿਸੇ ਤਰੀਕੇ ਵੀ ਬਚਾਈਏ ਆਪਣਾ, ਕਿਉਂਕਿ ਜਿਹੜਾ ਹਿੰਦੂਤਵ ਹੈਗਾ ਉਹਦਾ ਜ਼ੋਰ ਲੱਗਿਆ ਹੋਇਆ ਵੀ ਹਾਂ ਬੱਚਿਆਂ ਨੂੰ ਖਰਾਬ ਕੀਤਾ ਜਾਵੇ। ਸੋ ਬੱਚਿਆਂ ਨੂੰ ਬਚਾਉਣ ਲਈ ਆਪਾਂ ਵੱਧ ਤੋਂ ਵੱਧ ਬਾਣੇ ਨਾਲ ਜੋੜੀਏ ਜੀ। ਇੰਨੀਆਂ ਕੁ ਬੇਨਤੀਆਂ ਜੀ। ਧੰਨਵਾਦ ਜੀ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਅੱਜ ਜੋ ਆਪਣੇ ਨੌਜਵਾਨ ਇੱਥੇ ਪਹੁੰਚੇ ਹੋਏ ਨੇ ਨਗਰ ਕੀਰਤਨ 'ਚ, ਆਓ ਆਪਾਂ ਇਹਨਾਂ ਦੇ ਵਿਚਾਰ ਸੁਣਦੇ ਹਾਂ ਕਿ ਕੀ ਮਹਿਸੂਸ ਕਰ ਰਹੇ ਨੇ, ਆਉਣ ਵਾਲੀ ਕੌਮ ਦੀ ਜੋ ਲੜਾਈ ਆ ਉਹਦੇ 'ਚ ਕਿਵੇਂ ਹਿੱਸਾ ਲੈਣਾ ਚਾਹੀਦਾ। ਆਓ ਆਪਾਂ ਇਹਨਾਂ ਦੇ ਵਿਚਾਰ ਸਾਂਝੇ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਜੋ ਇੱਥੇ ਆਪਾਂ ਨਗਰ ਕੀਰਤਨ 'ਚ ਨੌਜਵਾਨ ਪੀੜ੍ਹੀ ਹੀ ਅੱਗੇ ਕੌਮ 'ਚ ਖਿੱਚ ਕੇ ਲਿਆਂਦੀ ਹੈ, ਕਿਉਂਕਿ 1884 ਵਿੱਚ ਜੋ ਹਮਲੇ ਹੋਏ, ਜੋ ਹੈਪਨ ਹੋਏ ਆ, ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਸਿੱਖ ਕੌਮ ਦਾ। ਤੇ ਜੋ ਨੁਕਸਾਨ ਦੀ ਭਰਪਾਈ ਆਪਾਂ ਹੁਣ ਵਾਪਸ ਆਪਣਾ ਜਿੱਦਾਂ ਆਜ਼ਾਦ ਦੇਸ਼ ਖਾਲਿਸਤਾਨ ਬਣੇ ਤੇ ਉਹਦੇ ਵਿੱਚ ਆਪਾਂ ਵਾਪਸੀ ਕਰ ਸਕਦੇ ਹਾਂ। ਸਭ ਨੂੰ ਆਪਾਂ ਨੂੰ ਨੌਜਵਾਨ ਪੀੜ੍ਹੀ ਨੂੰ ਹੀ ਸਭ ਤੋਂ ਪਹਿਲੇ ਨੌਲੇਜ ਰੱਖਣੀ ਚਾਹੀਦੀ ਹੈ। ਜਿੱਦਾਂ ਕੋਈ ਆਪਣੇ ਇਵੈਂਟ ਹੁੰਦੇ ਹੈ, ਜਿੱਦਾਂ ਕੋਈ ਨਗਰ ਕੀਰਤਨ ਹੋ ਗਿਆ ਜਾਂ ਕਿਤੇ ਵੀ, ਹਰ ਜਗ੍ਹਾ ਪ੍ਰਚਾਰ ਕਰਨਾ ਚਾਹੀਦਾ ਆਪਣੀ ਕੌਮ ਲਈ। ਹਰ ਇੱਕ ਨੂੰ ਹੈਲਪ ਕਰਕੇ ਜਿਹੜਾ ਆਪਾਂ ਕੌਮ ਨੂੰ ਅੱਗੇ ਲੈ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਿੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਲੋਟ ਆਲਮੋਸਟ ਸੱਜ ਕੇ ਤਿਆਰ ਹੋ ਗਿਆ ਹੈ, ਇੱਥੋਂ 5 ਪਿਆਰਿਆਂ ਦੀ ਅਗਵਾਈ ਨਾਲ ਇਹ ਨਗਰ ਕੀਰਤਨ ਸ਼ੁਰੂ ਹੋਏਗਾ। ਆਓ ਆਪਾਂ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਜੰਟੀ ਕਹਿੰਦੇ ਆ, ਇਹ ਸਿੰਘ ਜੋ ਇਹ ਸਮੂਹ ਪਰਿਵਾਰ ਬੜੇ ਲੰਬੇ ਸਮੇਂ ਤੋਂ ਸਿੱਖ ਕੌਮ ਦੀ ਸੇਵਾ ਕਰਦੇ ਆ ਰਹੇ, ਆਓ ਆਪਾਂ ਇਹਨਾਂ ਦੇ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਜਿੰਨੀ ਵੀ ਸੰਗਤ ਇੱਥੇ ਪਹੁੰਚ ਚੁੱਕੀ ਆ, ਸਾਰਿਆਂ ਨੂੰ ਜੀਓ ਆਇਆਂ ਨੂੰ ਜੀ। ਆਪਾਂ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਸ਼ਹੀਦੀ ਅਤੇ ਉਹ ਸ਼ਹਾਦਤ ਦੇ ਲਾਏ ਹੋਏ ਬੀਜ ਦੇ ਪੂਰਨਿਆਂ ਤੇ ਹੀ ਚੱਲਦੇ ਹੋਏ ਸਾਡੇ ਜੂਨ 84 ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਜੋ ਨਗਰ ਕੀਰਤਨ ਸੈਨ ਫਰਾਂਸਿਸਕੋ ਸ਼ਹਿਰ ਡਾਊਨਟਾਊਨ ਦੇ ਵਿੱਚ 2nd ਸਟਰੀਟ ਤੇ ਮਾਰਕੀਟ ਸਟਰੀਟ ਤੋਂ ਸ਼ੁਰੂ ਹੋ ਕੇ ਸਿਵਕ ਸੈਂਟਰ ਪਲਾਜ਼ਾ ਜਾ ਕੇ ਸਮਾਪਤ ਹੁੰਦਾ ਹੈ, ਜਿੱਥੇ ਜਾ ਕੇ ਫਿਰ ਇੱਕ ਸੋਵਰਨਟੀ ਪਾਤਸ਼ਾਹੀ ਰੈਲੀ ਆ ਜਿਹੜੀ ਉਹਦਾ ਆਯੋਜਨ ਹੁੰਦਾ ਹੈ। ਸੋ ਸੰਗਤ ਕਾਫੀ ਗਿਣਤੀ ਵਿੱਚ ਪਹੁੰਚ ਚੁੱਕੀ ਹੈ। ਨਗਰ ਕੀਰਤਨ ਦੀ ਤਿਆਰੀ ਹੈ। ਲਗਭਗ ਥੋੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਸਵਾਰੇ ਨੇ ਪਹੁੰਚ ਚੁੱਕੇ ਹਨ। ਗੁਰੂ ਪਾਤਸ਼ਾਹ ਜੀ ਦੀਆਂ ਜੋ ਪਾਲਕੀਆਂ ਨੇ ਉਹ ਸੁਸ਼ੋਭਿਤ ਹਨ, ਤਿਆਰ ਹਨ ਫਲੋਟ ਤੁਰਨ ਲਈ। ਸ਼ਹੀਦ ਸਿੰਘਾਂ ਦੇ ਫਲੋਟ ਨੇ ਜੋ ਸਾਡੀ ਕੌਮ ਲਈ ਜਾਨਾਂ ਵਾਰਨ ਵਾਲੇ ਸ਼ਹੀਦ ਸਿੰਘਾਂ ਦੇ ਫਲੋਟ ਸਭ ਤਿਆਰ ਹਨ। ਸ਼ਹੀਦ ਬੀਬੀਆਂ ਦਾ ਇੱਕ ਅਚੇਚਾ ਫਲੋਟ ਆ ਜੋ ਬਣਾਇਆ ਗਿਆ, ਸ਼ਹੀਦ ਬੱਚਿਆਂ ਦਾ ਬਣਾਇਆ ਗਿਆ। ਸੋ ਜੋ ਇਹ ਨਗਰ ਕੀਰਤਨ ਆ, ਇਹਦੀ ਆਪਦੇ ਆਪ 'ਚ ਇੱਕ ਮਹੱਤਤਾ ਇਹ ਹੁੰਦੀ ਹੈ ਕਿ ਬਹੁਤ ਇਨਫੋਰਮੇਟਿਵ ਹੁੰਦਾ ਹੈ। ਜੋ ਇਹ ਨਗਰ ਕੀਰਤਨ ਹੈ, ਬਹੁਤ ਸਾਰੀ ਜਿਹੜੀ ਜਾਣਕਾਰੀ ਹੈ, ਇਨਫੋਰਮੇਸ਼ਨ ਆ, ਇੱਥੋਂ ਜਿਹੜੀ ਨਵੀਂ ਆ ਖੁੱਲ੍ਹਦੀ ਆ, ਬੁਲਾਰਿਆਂ ਦੇ ਰਾਹੀਂ ਬਾਹਰ ਸੰਗਤ ਦੇ ਸਨਮੁਖ ਪਹੁੰਚਦੀ ਆ। ਪ੍ਰਬੰਧਕਾਂ ਵੱਲੋਂ ਵੀ ਇਸ ਗੱਲ ਦੀ ਕੋਸ਼ਿਸ਼ ਹੁੰਦੀ ਆ ਵੀ ਫਲੋਟਾਂ ਰਾਹੀਂ, ਸਾਡੇ ਫਲਾਇਰਸ ਰਾਹੀਂ, ਜੋ ਸਾਡੀ PR ਮਟੀਰੀਅਲ ਹੁੰਦਾ ਉਹਦੇ ਰਾਹੀਂ ਇੱਕ ਸਪਸ਼ਟ ਸਾਡੇ ਸਿੱਖਾਂ ਦੀ, ਸਾਡੀ ਆਪਦੀ ਪਾਤਸ਼ਾਹੀ ਦਾ, ਸਾਡੇ ਖਾਲਸਾ ਰਾਜ ਖਾਲਸਾ ਦਾ ਜੋ ਮੈਸੇਜ ਆ ਉਹ ਪੂਰੇ ਇੱਕ ਸੰਪੂਰਨ ਰੂਪ ਦੇ ਵਿੱਚ ਜਿਹੜਾ ਸੰਗਤ ਤੱਕ ਪਹੁੰਚ ਸਕੇ। ਸੋ ਇਸ ਨਗਰ ਕੀਰਤਨ ਦੀ ਵਿਸ਼ੇਸ਼ ਵਿਲੱਖਣਤਾ ਇਹੋ ਹੈ ਕਿ ਸਾਡੀ ਕੌਮ ਨੇ ਜੋ ਪਿਛਲੇ ਕਈ ਦਹਾਕਿਆਂ ਤੋਂ, ਲੰਮੇ ਸਮੇਂ ਤੋਂ ਇੱਕ ਰਾਜਨੀਤਿਕ ਵੱਡੀ ਗੁਲਾਮੀ ਆ ਜਿਸ ਦੇ ਨਾਲ ਸਾਡੀ ਕੌਮ ਜੂਝ ਰਹੀ ਆ, ਉਸ ਗੁਲਾਮੀ ਨੂੰ ਗਲੋਂ ਲਾਉਣ ਦੇ ਰਹੀ ਜੋ ਵੱਖੋ ਵੱਖਰੇ ਤਰ੍ਹਾਂ ਦੀਆਂ ਚਾਰਾ ਜੋਈਆਂ ਸਾਡੀ ਕੌਮ ਵੱਲੋਂ ਕੀਤੀਆਂ ਜਾ ਰਹੀਆਂ ਹਨ, ਉਹਨਾਂ ਨੂੰ ਸਾਰੀਆਂ ਨੂੰ ਵੱਡੇ ਪੱਧਰ 'ਤੇ ਡੈਮੋਸਟ੍ਰੇਟ ਕਰਕੇ ਦੁਨੀਆ ਦੇ ਸਾਹਮਣੇ ਰੱਖਿਆ ਜਾਵੇ। ਸਾਡੇ ਖਾਲਸਾ ਰਾਜ ਦੇ ਸਿਧਾਂਤ, ਸਾਡੀ ਜਿਹੜੀ ਇਹ ਖਾਲਸਾ ਰਾਜ ਦੀ ਅਡਾਰੀ ਆ, ਇਹਦਾ ਜਿਹੜਾ ਬੜਾ ਇੱਕ ਡੂੰਘਾ ਮਹੱਤਵ ਆ ਜਿਹੜਾ ਉਹ ਕੌਮ ਦੇ ਸਾਹਮਣੇ, ਦੁਨੀਆ ਦੇ ਸਾਹਮਣੇ ਰੱਖਿਆ ਜਾ ਸਕੇ। ਸੋ ਬਹੁਤ ਜ਼ਿਆਦਾ ਜਿਹੜਾ ਇਨਫੋਰਮੇਸ਼ਨ ਬੇਸਡ ਆ ਜਿਹੜਾ ਸਾਡੀ ਜੋ ਰੈਲੀ ਹੁੰਦੀ ਆ ਉਹ ਹੁੰਦੀ ਆ ਇਹਦੇ ਉੱਤੇ। ਸੋ ਇਸ ਤੋਂ ਬਿਨਾਂ ਵੀ ਬੜੇ ਨਗਰ ਕੀਰਤਨ ਸਾਰੇ ਹੁੰਦੇ ਹਨ, ਸਾਰਿਆਂ ਦੀ ਆਪੋ ਆਪਦੀ ਮਹੱਤਤਾ ਹੈ।
ਪਰ ਇਹ ਗੱਲ ਕਹਿਣ 'ਚ ਮੈਨੂੰ ਕੋਈ ਅਤਕਥਨੀ ਨਹੀਂ ਵੀ ਸਾਡਾ ਜੋ ਇਹ ਨਗਰ ਕੀਰਤਨ, ਸਾਡੀ ਜੋ ਇਹ ਪਾਤਸ਼ਾਹੀ ਰੈਲੀ ਆ, ਇਹ ਜੂਨ 84 ਦੇ ਸ਼ਹੀਦਾਂ ਦੀ ਯਾਦ ਨੂੰ ਜਾਂ ਪੰਜਵੇਂ ਪਾਤਸ਼ਾਹ ਦੀ ਯਾਦ ਨੂੰ ਸਮਰਪਿਤ ਹੀ ਨਹੀਂ। ਸੋ ਸਾਡੇ ਪੰਜਵੇਂ ਪਾਤਸ਼ਾਹੀ ਦਾ ਸਾਡੇ ਤੱਕ ਸੰਦੇਸ਼ ਹੈ। ਤੁਸੀਂ ਗੁਰੂ ਪਾਤਸ਼ਾਹ ਸਾਹਿਬ ਦੇ ਪਾਲਕੀਆਂ ਤੇ ਪੜ੍ਹ ਸਕਦੇ ਹੋ, ਜਾ ਤੁਧ ਭਾਵੇ ਤਾਂ ਹੋਵੇ ਰਾਜੇ ਰਸ ਕਸ ਬਹੁਤ ਕਮਾਵੇ, ਜਾ ਤੁਧ ਭਾਵੇ ਤਾਂ ਤੇਗ ਵਹਾਵੇ ਸਿਰ ਮੁੰਡੀ ਫਟ ਜਾਵੇ। ਜੋ ਸਾਡੇ ਪੰਜਵੇਂ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਰਾਹੀਂ ਰਾਜੇ ਕਿਸ ਤਰ੍ਹਾਂ ਦੇ ਬਣ ਕੇ ਅਸੀਂ ਰਸ ਕਸ ਕਮਾਉਣਾ ਹੈ, ਕਿਸ ਤਰ੍ਹਾਂ ਤੇਗ ਵਹਾ ਕੇ ਖਾਲਸੇ ਨੇ ਸਰਬੱਤ ਦੇ ਖਾਲਸੇ ਰਾਜ ਦਾ ਪਸਾਰਾ ਕਰਨਾ ਹੈ, ਤੇ ਕਿਸ ਤਰ੍ਹਾਂ ਜੋ ਸਾਡੇ ਜੂਨ 84 ਦੇ ਸ਼ਹੀਦਾਂ ਨੇ ਜਾਨਾਂ ਦਿੱਤੀਆਂ, ਉਹਨਾਂ ਦੀ ਸਿਰਫ ਯਾਦ ਹੀ ਨਹੀਂ, ਉਹਨਾਂ ਦੇ ਪੂਰਨਿਆਂ ਨੂੰ ਆਪੋ ਆਪਦੀ ਸਮਰੱਥਾ ਅਨੁਸਾਰ ਗਾਹਾਂ ਤੋਰਨ ਦੀ ਇੱਕ ਉਡਾਰੀ ਆ, ਉਹ ਸਾਡੀ ਸਾਰੀ ਇਹ ਕੈਲੀਫੋਰਨੀਆ ਦੀ ਸੰਗਤ ਦੀ ਹੁੰਦੀ ਹੈ। ਸੋ ਸਾਡੇ ਮਹਾਰਾਜ ਦੇ ਸਰੂਪ ਆ ਗਏ ਹਨ, ਸਟੇਜ ਤਿਆਰ ਹੈ, ਥੋੜ੍ਹੇ ਸਮੇਂ ਦੇ ਵਿੱਚ ਜੋ ਆਰੰਭਤਾ ਦੀ ਸਟੇਜ ਆ ਉਹ ਸ਼ੁਰੂ ਹੋਣ ਜਾ ਰਹੀ ਹੈ। ਸੋ ਇਹਦੇ ਨਾਲ ਹੀ ਫਤਿਹ ਜਾਵਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सच्चे पातशाह दे फ्लोर ते कोल इस वेले शास्त्र नमस्कार की जा रही है। उस्ताद जसवीर सिंह जी बैतरा मारे ने, हाँ जी, ओ भगत नामदेव नूं कहण लगे, नामदेव तू रब दा नाम नहीं जप सकदा, तू छोटी जात आया। नामदेव नूं मंदर तो बाहर कर दिता गया। नामदेव ने जाके अपनी खरावां लेके जियो जियो हर कोने उचारे भगत जना को देवरा फिर जियो जियो नामा हर कोने उचारे भगत जना को देवरा फिर कितना कितना नामदेव खरकाना अपनी खरावां सी ਸਾਡੇ ਗੁਰੂ ਰਾਮਦਾਸ ਜੀ ਨੇ ਅਵਲ ਅਲੇ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਦਾ ਮੁਕਦਿਆ, ਕੌਣ ਭਲੇ ਕੋ ਮੰਦੇ। ਉਸ ਦਰਬਾਰ ਸਾਹਿਬ ਤੇ ਹਿੰਦੁਸਤਾਨ ਦੀ ਜਾਨ ਸਰਕਾਰ ਨੇ ਸਰਕਾਰੀ ਸੰਪਤ ਦਾ ਹਮਲਾ ਕੀਤਾ। ਇਸ ਵੇਲੇ ਕਹਿਣਾ ਸੁਣਿਆ ਕਰਦੇ ਰਹਿੰਦੇ ਭਾਈ ਅਜੇ ਪਾਲ ਸਿੰਘ ਜੀ, ਉਸਤਾਦ ਅਰਵੀਰ ਸਿੰਘ ਜੀ, ਉਸਤਾਦ ਬਹਾਦਰ ਸਿੰਘ ਜੀ, ਗੜਕਈ ਸਿੰਘ ਨੇ ਫਰੀਮਾਰਟ ਤੋਂ ਸਾਡੇ ਬਾਬਾ ਉਸਤਾਦ ਅਰਵੀਰ ਸਿੰਘ ਬਾਬਾ ਸਾਹਿਬ ਮਾਂ ਕੁਛੀ ਆ ਚੁੱਕੇ ਆ, ਰਾਗੀ ਤਲਵਾਰ ਸਿੰਘ ਜੀ ਭੂਰਾ ਸਾਹਿਬ, ਉਹਨਾਂ ਨਾਲ ਅਤੇ ਹੋਰ ਜਿਹੜੀਆਂ ਵੀ ਦੂਰੋਂ ਦੂਰੋਂ ਸੰਗਤਾਂ ਸੋ ਪੰਜ ਦੇ ਮਹਾਨ ਕੀਰਤਨੀਏ ਬਹੁਤ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਦਾਦੀ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀਏ। ਸੋ ਭਾਈ ਬਹਾਦਰ ਸਿੰਘ ਜੀ ਜਿਨ੍ਹਾਂ ਦੇ ਸਤਿਕਾਰਯੋਗ ਪਿਤਾ ਜੀ ਸੋ ਖਾਲਸਾ ਜੀ ਭਾਈ ਬਲਵੀਰ ਸਿੰਘ ਜੀ ਸ਼੍ਰੋਮਣੀ ਰਾਗੀ ਜੋ ਸ੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਕੀਰਤਨ ਕਰਦੇ ਗਏ ਆ। ਬਹੁਤ ਮਾਣ ਵਾਲੀ ਗੱਲ ਆ। ਇਸ ਵੇਲੇ ਸਿੰਘ ਸਾਹਿਬ ਇਹ ਬੈਂਦਰਾ ਮਾਰਿਆ, ਇਹਨਾਂ ਦੇ ਪਿਤਾ ਜੀ ਪੰਜ ਪਿਆਰੇ 'ਚ ਲੱਗੇ ਆ। ਸੋ ਮਹਾਰਾਜ ਕਿਰਪਾ ਕਰਕੇ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਬੋਲੇ ਸੋ ਨਿਹਾਲ। 42 ਸਾਲ ਪਹਿਲਾਂ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਟੈਂਕਾਂ ਤੋਪਾਂ ਨਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਦਰਬਾਰ ਸਾਹਿਬ ਹਮਲਾ ਕੀਤਾ ਕਿ ਸਿੱਖ ਕੌਮ ਨੂੰ ਖਤਮ ਕਰ ਦੇਣਾ। ਸਿੱਖ ਕੌਮ ਜਿਹੜੀ ਆ ਇਹ ਆਪਣਾ ਸਿਰ ਪੈਣਾ ਚੁੱਕ ਸਕੇ। ਆ ਖਾਲਸਾ ਦੀ ਗੱਲ ਤੂੰ ਮੇਰੇ ਵੱਲ ਹੈ ਤਾਂ ਕਿਆ ਮੈਂ ਛੱਡਾ, ਤੂੰ ਸਭ ਕੁਝ ਮੈਨੂੰ ਸੌਂਪਿਆ। ਤੇਰੇ ਨਾਨਾਂ ਦਾ ਖੂਨ ਡੋਲਦਾ ਤੇ ਸਿੱਖੀ ਦਾ ਮਾਤਰਾ ਕਰਦਾ ਬਾਰੇ ਤੇਰੇ ਨਾਨਾਂ ਦੇ ਤੇ ਇਸ ਸਮੇਂ ਤੇ ਖਾਲ ਲੈਂਦਾ ਤਾਂ ਗੁਰੂ ਦੇ ਬਲੀ ਨਾਮ ਨਾ ਜਦ ਤੂੰ ਰੋਣ ਦਾ ਕਰਵਾ ਲੈਂਦਾ 10 ਤਲਾ ਸਮਾਂ ਦੇ ਬਾਅਦ ਨਾ ਸਕਾਹੇ ਬੋਲਣਾ ਰਾਜ ਲੈਂਦਾ। ਭਾਈ ਜਗਰਾਜ ਸਿੰਘ ਦੀ ਤੂਫਾਨ ਤੇਰਾ ਦੇ ਦਿਮਾਗ ਭਾਈ ਸਾਹਿਬ ਦੇ ਕਿੱਧਰ ਨਹੀਂ ਸਕੀ ਜੋ ਕਿ ਵਿਸ਼ੇਸ਼ ਤੌਰ ਤੇ ਗੁਰਦੁਆਰਾ ਪ੍ਰਕਾਸ਼ ਦਾਦੂ ਦੇ ਸਾਹਿਬ ਬਾਬਾ ਠਾਕੁਰ ਜੀ ਦੇ ਸਥਾਨ ਤੋਂ ਉਹ ਪਹੁੰਚੇ ਆ ਸੀ ਗਲੇ ਪ੍ਰੋਗਰਾਮ ਪਹੁੰਚੇ ਆ। ਸੋ ਮਹਾਰਾਜ ਕਿਰਪਾ ਕਰੇ ਪ੍ਰਣਾਮ ਸ਼ਹੀਦਾਂ ਨੂੰ ਜਿਹੜਾ ਜਾਨ ਧਰਮ ਤੋਂ ਵਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਹੜਾ ਜਾਨ ਧਰਮ ਤੋਂ ਵਾਰੀ। ਜੱਦੀ ਸਾਹਿਬ ਆਏ ਮੇਰੇ ਕੋਲ ਕਹਿੰਦੇ ਭਾਈ ਅੱਡੀ ਸਿੰਘ ਦੇ ਤੋਂ ਫਰੀਮਾਰਟ ਤੋਂ ਤੇ ਦੂਜੇ ਪਾਸੇ ਆ ਸੁਣਾ ਲਓ ਸਾਡਾ ਨੌਜਵਾਨ ਲੈ ਕੇ ਥੋੜੀ ਛੋਟੀ ਬਣਾ ਦੇ ਵਿੱਚ ਬਾਹਰ ਖੁਸ਼ੀਆਂ ਪ੍ਰਾਪਤ ਕਰ ਰਿਹਾ। ਸੋ ਕਈ ਸਿੰਘਾਂ ਦਾ ਬਹੁਤ ਧੰਨਵਾਦ। ਸੋ ਭਾਈ ਜਰਨੈਲ ਸਿੰਘ ਬੰਦੇ ਵਾਲੇ ਉਹ ਇਸ ਵੇਲੇ ਉਸਤਾਦ ਬਲਦੀਪ ਸਿੰਘ ਬੱਬਾ ਸਾਹਿਬ ਇੱਕ ਬੱਬਾ
ਵਾਲੇ ਕਿਉਂਕਿ ਇਹਨਾਂ ਦਾ ਜੋ ਬੰਦੇ ਦੇ ਵਿੱਚ ਇਹਨਾਂ ਦੇ ਪ੍ਰਧਾਨ ਤੇ ਰਹਿੰਦੇ ਸਨ ਤੇ ਭਾਈ ਜਰਨੈਲ ਸਿੰਘ ਉਹ ਬੰਦੇ ਬੰਦ ਕਰਦੇ ਆ ਬੜੇ ਗੁਰਮੁਖ ਫੇਰ ਰਹੇ ਆ ਬਹੁਤ ਚੱਕੀ ਚਲਾ ਰਹੇ ਆ ਸੋ ਇਸ ਵੇਲੇ ਛੋਟੀ ਜਿਹੀ ਲਾ ਕੇ ਦੂਜੇ ਪਾਸੇ ਵਕੀਲ ਸਿੰਘ ਤੇ ਨਾਲ ਉਹਨਾਂ ਦੇ ਸਨੋਜੇ ਦੀ ਧਰਤੀ ਤੋਂ ਸੋ ਉਹ ਇਸ ਵੇਲੇ ਨਮਸਕਾਰ ਕਰ ਰਹੇ ਹਿੰਦੁਸਤਾਨ ਦੀਆਂ ਕੰਧਾਂ ਦੇ ਸੀ ਜੱਟ ਜਾਣਾ ਨੀਹਾਂ ਰਚਨਾ ਖਾਤੇ ਜਲਾਲ ਤੇਰੇ ਚਾਹੇ ਭਾਗੀ ਨਾ ਕਰੇ ਚੌਕੌਰ ਦੀ ਲਾਗੇ ਜਲਾਲ ਤੇਰੇ ਲਾਗ ਕੇ ਤੇ ਝੂਠ ਦਾ ਚੱਕ ਤਾਰਾ ਗੰਡਾ ਉਹਦਾ ਜੇਕਰ ਕੇਸਰੀ ਨਿਸ਼ਾਨ ਸਾਹਿਬਾ ਕਿੱਡਾ ਬੋਲਦਾ ਕਿੰਨੀ ਬਣ ਜੇਕਰ ਚੌਕ ਸ਼ਾਂਤੀ ਹੁੰਦਾ ਗਿਆਨ ਸਾਹਿਬਾ ਤਾਂ ਮੰਦਰਾਂ ਵਿੱਚ ਖੜੇ ਰਣਜੀਤ ਦੇ ਗਾਣੇ ਦੀਆਂ ਗੂੰਜ ਸੁਣਦੀ ਇੱਕ ਕਹਿਣਾ ਸੀ ਧੋਤੀਆਂ ਟੋਟੀਆਂ ਕਿਹੜੀ ਕਿਹੜੀ ਕੋਈ ਨਾ ਬੋਲੇ ਸੋ ਆਇਓ ਉਹ ਸੂਰਮਾ ਦੀ ਕੀ ਕੋਨੇ ਰੱਖੀ ਉਹ ਸੂਰਮਾ ਦੀ ਕੀ ਕੋਨੇ ਰੱਖੀ ਇਹ ਕਹਿਣਾ ਵੀ ਮਾਰੇ ਦੂਜੀ ਕਹਿਣਾ ਵੀ ਮਾਰੇ ਤੀਸਰੀ ਕਹਿਣਾ ਵੀ ਮਾਰ ਕਹਿੰਦੇ ਨਾ ਮਾਰ ਕਹਿੰਦੇ ਉਹ ਵੀ ਕੋਈ ਸੀ ਮਾਰਦਾ ਇਹ ਲੋਕਾਂ ਦੇ ਜੀਵਨ ਵਾਲੀ ਦੇ ਸੁਪਿਆਰ ਜੀਵਨ ਕਈ ਹਜ਼ਾਰ ਕਾਮੋ ਹੈ ਤੋ ਕਿਆ ਹੁਆ ਜੀਵਨ ਕਈ ਹਜ਼ਾਰ ਕੋਈ ਸੁਪਨਾ ਸਾਡਾ ਸਾਰਾ ਪਿਆਰ ਸਸਤਾਨ ਦਾ ਹੈ ਪਿਆਰੀ ਸਾਰਾ ਸੁਪਨਾ ਪਾਉਂਦੇ ਨੇ ਹੋਇਆ ਕਿਹਨਾਂ ਨੇ ਤੁਸੀਂ ਕਰਵਾ ਉਹ ਹੁਕਮ ਦੇ ਹੁਕਮ ਕਰਦੇ ਨੇ ਸਾਡੇ ਸਦਾ ਦੇ ਸਦਾ ਲੋਕ ਪਾਗੇ ਝਾੜੀ ਝਾੜੀ ਦੇ ਭਾਉਂਦੇ ਨੇ ਰਹੇ ਘਰ ਸਾਡੇ ਘੋੜੇ ਕਾਠੀਆਂ ਦੇ ਅਸੀਂ ਆਖੇ ਤੋਂ ਫਟਕਾਰ ਕੀਤਾ ਸੋਨਾ ਕਰੂ ਪਹਾੜ ਕਸ਼ਮੀਰ ਤਾਈ ਸਾਡੀ ਕਿਹਨਾਂ ਦਸਤਾਰ ਹੈ ਰਾਹ ਕੀਤਾ ਬੋਲੇ ਸੋਹਾ ਉਹ ਸ਼ਰੀਰ ਦੀ ਬੋਲ ਨੂੰ ਮੋਏ ਕਹਿੰਦਾ ਉਹ ਸ਼ਰੀਰ ਦੀ ਬੋਲ ਨੂੰ ਮੋਏ ਕਹਿੰਦਾ ਉਹ ਸ਼ਰੀਰ ਦੇ ਬੋਲ ਨੂੰ ਮੋਏ ਕਹਿੰਦਾ ਕਿ ਸਭ ਆਪਣਾ ਦੀ ਖਾਮ ਕਰਾਉਂਦੇ ਓਏ ਬੜਾ ਬੜਾ ਉਹ ਜਿੱਕਰੂ ਫੇਰੀ ਵਾਲਾ ਤੇ ਨਾ ਜੀਵਾ ਸਾਰੀ ਖਾਲਸਾ ਦੇ ਚਲਾ ਗਿਆ ਬੋਲੇ ਸੋਹਾ ਅਸੀਂ ਗਾਉਂ ਤੋਂ ਬੱਤਰ ਖੋਲ ਕਰੀਏ ਸਾਡੇ ਸਾਹਮਣੇ ਆ ਕੇ ਰੱਖੀਏ ਪਾਲਣ ਕੀਏ ਲੰਘ ਜਾਈਏ ਤਾਂ ਸਾਹਮਣੇ ਲੋਕ ਦੀ ਸ਼ਕਤੀ ਹੈ ਜਿਹੜੀ ਮੌਤ ਦਾ ਲੜਾ ਕਰਦਾ ਸੀ ਬਸ ਮੌਤ ਨੂੰ ਅਸੀਂ ਰਾਉਣ ਵਾਲੇ ਜੰਗ ਕਾਂਡਾ ਅਸੀਂ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਕੋਲ ਵਾਲੇ ਕਿਹੜੇ ਰਾਜੇ ਦੇਖ ਲੈ ਅਸੀਂ ਟੈਕਟੀ ਚਲਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਮੁੰਡਾ ਧਰਤੀ ਤੇ ਅਸੀਂ ਟੈਕ ਨਹੀਂ ਘਬਰਾਉਂਦੇ ਕਿਹੜੀ ਗੋਲੀ ਦਾ ਅਟਾਰਾ ਖਾਨ ਸਾਨੂੰ ਅਸੀਂ ਸ਼ਾਂਤੇ ਦਾ ਜੀਣਾ ਚਾਹਦੇ ਹਾਂ ਅਸੀਂ ਬਦਲਾਅ ਗੁਰੂ ਹਰਗੋਬਿੰਦ ਸਾਹਿਬ ਦੇ ਅਸੀਂ ਬਦਲਾਅ ਸੱਚ ਦੇ ਨਾਲ ਸੇ ਕਾਲ ਕਰਾ ਰਹੇ ਪਿਆਰਿਆਂ ਦੋਸਤ ਨੂੰ ਜਾਣਦੇ ਬੋਲੇ ਸੋਨਾ ਓਏ ਇੰਦਰਾ ਰਾਣੀ ਓਏ ਬਾਉਣੀ ਓ ਮਹਿਮੀ ਕਹਿਵਾਈ ਓ ਨਗਾਦਾ ਹੋਣਾ ਨੇ ਪਾਈ ਓ ਨਗਾਦਾ ਸੰਸਾਰ ਮਾਰੀ ਓ ਤਾਈ ਰਾਣਾ ਕੀੜਾ ਫਰਮਾਈ ਓ ਵੀਰ ਮਾਤਾ ਗੰਦੀਆ ਓ ਤੇਰੀ ਕੋਟੀ ਵਰਤਾਈ ਬੋਲੇ ਸੋਨਾ सूरत नाली चढ़ करना भाखड़ा रंग सजाना तेरे खूब करना उन तो होना कितना आदत है सर जाति को केड़ा जितना केड़ा तो साहब बाबा अजीत सिंह जी बाबा लक्ष्मी सिंह जी वाला गुरु साहब का पैसा टेलीफोन में करके बोलो गुरु साहब का पैसा टेलीफोन में करके बोलो खड़ा करे साबुन की व्यवस्था जो 1983 के कलुआ की समापना जल्दी करो अब होए और सलाम का पहला खड़ा जो हमारा खड़ा गुरु साहब ने हजूर हमारे सामने डालिए गुरु का विश्वास नहीं दिखा दे
ਸਿੱਖ ਨਿਵਾਸ ਸਿੱਖ ਨਿਵਾਸ ਸਿੱਖ ਨਿਵਾਸ ਆ ਤੁਸੀਂ ਕੀ ਲੈਣਾ ਆ ਤੁਸੀਂ ਕੀ ਲੈਣਾ ਉਹ ਮੈਂ ਕੀ ਲੈਣਾ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ 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 ਮਰੂਈਵਾਲ ਮਰੂਈਵਾਲ ਖਾਲਿਸਤਾਨ ਮਰੂਈਵਾਲ ਖਾਲਿਸਤਾਨ ਮਰੂਈਵਾਲ ਖਾਲਿਸਤਾਨ ਮਰੂਈਵਾਲ ਖਾਲਿਸਤਾਨ ਮਰੂਈਵਾਲ ਖਾਲਿਸਤਾਨ ਇੰਡੀਆ ਖਾਲਿਸਤਾਨ ਬੋਲੇ ਸੋਨਿਆ ਫਤਿਹ 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 ਓ ਖੁਸ਼ੀ ਨਾਲ ਕਰਾ ਲਾਵੇ ਗੁਰੂ ਕੀ ਦਾਤਰ ਬੰਦੂ ਪਾਵੇ ਮਦਲੇ ਓ ਜਗਾਰਾ ਗਿਆ ਵਾ ਪੰਜਾਬ ਪਿਆਰਾ ਜਰਾ ਛੱਡਣਾ ਚਾਲੀ ਮੁੰਡਿਆਂ ਦੀਆਂ ਜੱਗੀਆਂ ਜੱਗੀਆਂ ਸਿੱਖਾਂ ਦੇ ਬੰਦੂ ਪਾਵੇ ਮਦਲੇ ਵਾਹਿਗੁਰੂ ਆਪ ਦੇਖੋ ਜੀ ਅਦਾਬਾ ਆਇਆ ਕਹਿੰਦੇ ਸੰਗਤ ਨਹੀਂ ਬੋਲਦੀ ਹੁਣ ਮੈਂ ਜਗਾਰਾ ਛੱਡਣਾ ਤੁਸੀਂ ਪੂਰੇ ਜੋਰ ਨਾਲ ਬੋਲਣਾ ਦੇਖਦੇ राज करेगा कौन करेगा झूठ के निशान है साथ दुआन है बोले सोने हाल बोले सोने हाल ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਇਲੈਕਸ਼ਨ ਦੇ ਨਾਲ ਖਾਣਾ ਕਰਾਂਗੇ ਅਤੇ ਸੇਵਕ ਸੈਂਟਰ ਦੇ ਵਿੱਚ ਖਾਣਾ ਲਾ ਕੇ ਸਮਾਪਤੀ ਕੀਤੀ ਜਾਊਗੀ ਖਾਣੇ ਦੀ ਆਓ ਆਪਾਂ ਪ੍ਰਬੰਧਕ ਵਾਲੇ ਪਾਸੋਂ ਅਗਲਾ ਪ੍ਰੋਗਰਾਮ ਸ਼ੁਰੂ ਕਰੀਏ ਸਾਰੀਆਂ ਸੰਗਤਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਪੰਜ ਪਿਆਰੇ ਨਿਸ਼ਾਨ ਦੀ ਸੰਗਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗੋ ਕਰਨ ਕਵਰ ਸਦਰ ਤੱਕ ਦੇ ਮਾਲਕ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਕੀ ਗੋਦ ਵਿੱਚ ਜੁੜੀ ਹੋਈ ਸੰਸਕ੍ਰਿਤੀ ਦੀ ਸਤਿਗੁਰੂ ਜੀ ਦੀ ਬਖਸ਼ੀ ਬਖਸ਼ੀ ਨਿਤਾਂ ਪਾਓ ਸਾਰੇ ਮਾਈ ਸਾਹਿਬਾਂ ਦੇ ਵਿੱਚ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਅੱਜ ਸਨ ਫਰਾਂਸਿਸਕੋ ਦੀ ਧਰਤੀ ਤੇ ਆਪਾਂ ਸ਼ਹੀਦਾਂ ਦੇ ਸਰਤਾਜ ਪੰਜ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਜਦਾ ਕਰਨ ਵਾਸਤੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆ ਜਿਨ੍ਹਾਂ ਬਾਬਤ ਸਤਿਗੁਰੂ ਜੀ ਨੇ ਬਾਣੀ ਵਿੱਚ ਬਚਨ ਉਚਾਰੇ ਆ ਇਹਦੇ ਜਬ ਲਓ ਨਹੀਂ ਪੌ ਨਹੀਂ ਜਬ ਲਓ ਨਹੀਂ ਪਾਰ ਬੁਲਾਰ ਹੋਵੇ ਤਬ ਲੋ ਭਰਮ ਤੇ ਫਿਰਤੇ ਹੋ ਧਾਰਿਓ ਕਲ ਘੋਰ ਸਮੁੰਦਰ ਮੈਂ ਬੂਝੇ ਥੇ ਕਬੂ ਮਿਟ ਹੈ ਨਹੀਂ ਇਹ ਪਿਤਾਇਓ ਤਤ ਵਿਚਾਰ ਜਹੇ ਮੰਗਲਾ ਜਗੇ ਕਾਰਨ ਕੋ ਤਾਰ ਬਣਾਇਓ ਜਪਿਓ ਜਿਨੇ ਅਰਜਨ ਦੇਵ ਗੁਰੂ ਫਰ ਸੰਕਟ ਜੋਤ ਗਰਭ ਨਾ ਆਇਓ ਉਸ ਪੰਜੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਜਦਾ ਕਰਨ ਲਈ ਉਹਨਾਂ ਨੂੰ ਪ੍ਰਣਾਮ ਕਰਨ ਲਈ ਆਪਾਂ ਸਨ ਫਰਾਂਸਿਸਕੋ ਦੀ ਧਰਤੀ ਤੇ ਪਹੁੰਚੇ ਹਾਂ ਔਰ ਨਾਲ ਨਾਲ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜਿਨ੍ਹਾਂ ਸ਼ਹੀਦਾਂ ਨੇ ਸਾਡੇ ਵਾਸਤੇ ਉਸ ਪਾਵਨ ਪਵਿੱਤਰ ਸਥਾਨ ਦੀ ਚੜ੍ਹਦੀ ਕਲਾ ਉਹਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਆਪਣੇ ਖੂਨ ਦਾ ਆਖਰੀ
ਜਿਹੜਾ ਸਾਡੇ ਤੋਂ ਨਿਸ਼ਾਵਰ ਕਰਕੇ ਉਹ ਦਰਸਾ ਦਿੱਤਾ ਔਰ ਮਰਦੇ ਮਜਾਹਦ ਸੰਤੇ ਬਾਬਾ ਕਿਹੜੀ ਔਰ ਕਰਨੀ ਦੇ ਪੂਰੇ ਸੂਰਬੀਰ ਬਚਨ ਕੇ ਬਲੀ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੀ ਰਹਿਨੁਮਾਈ ਹੇਠ ਕੁਝ ਮੁੱਠੀ ਪਰ ਸਾਡੇ ਉਹਨਾਂ ਯੋਧਿਆਂ ਨੇ ਜਿਹੜੀ ਵਰਲਡ ਦੀ ਜਿਹੜੀ ਸੰਸਾਰ ਦੀ ਪੰਜਵੀਂ ਪੱਧਰ ਦੀ ਬਹੁਤ ਤਾਕਤਵਰ ਆਰਮੀ ਜਲ ਸੈਨਾ ਸਥਲ ਸੈਨਾ ਔਰ ਹਵਾਈ ਸੈਨਾ ਜਿਹਨੂੰ ਤਿੰਨੋਂ ਹੀ ਵਰਤਣੀਆਂ ਪਈਆਂ ਗੁਰੂ ਪਿਆਰਿਓ 4 ਦਿਨ ਉਸ ਗੁਰਮੁਖ ਪਿਆਰੇ ਨੇ ਆਪਣੀ ਰਹਿਨੁਮਾਈ ਹੇਠ ਉਸ ਜਾਬਰ ਸਰਕਾਰ ਨੂੰ ਲੋਹੇ ਦੇ ਚਣੇ ਚਵਾ ਦਿੱਤੇ ਔਰ ਦੱਸ ਦਿੱਤਾ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਮੇਰਾ ਛਕਿਆ ਹੋਇਆ ਅੰਮ੍ਰਿਤ ਹੈ। ਜਿਹੜੇ ਸਤਿਗੁਰਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਕਿਹਾ ਸੀ ਕਿ 1.25 ਲੱਖ ਸੇ ਇੱਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ, ਉਸ ਕਿਹੜੀ ਔਰ ਕਰਨੀ ਦੇ ਸੂਰਬੀਰ ਵਚਨ ਕੇ ਬਲੀ ਯੋਧੇ ਨੇ ਜੋ ਉਸ ਜਾਬਰ ਸਰਕਾਰ ਨੂੰ ਲੋਹੇ ਦੇ ਚਣੇ ਚਵਾ ਦਿੱਤੇ। ਉਹਦੇ ਵਿੱਚ ਗੁਰੂ ਪਿਆਰਿਆ ਜਿੱਥੇ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਔਰ ਸਭ ਤੋਂ ਜਿਹੜਾ ਮਹਾਨ ਜਿਹੜਾ ਕਰਤਵ ਉਸ ਮਹਾਨ ਧਰਮ ਯੁੱਧ ਮੋਰਚੇ ਦੇ ਵਿੱਚ ਹੋਇਆ ਉਹ ਸੀ ਜਰਨਲ ਸੁਹੇਗ ਸਿੰਘ। ਜਰਨਲ ਸੁਹੇਗ ਸਿੰਘ ਦਾ ਪਿੰਡ ਹੈ ਖਿਆਲਾ। ਗੁਰੂ ਪਿਆਰਿਓ ਖਿਆਲਾ ਪਿੰਡ ਹੈ ਜਿਹੜਾ ਉਹ ਭੰਗੂਆਂ ਦਾ ਪਿੰਡ ਹੈ। ਉਸ ਭੰਗੂਆਂ ਦੇ ਪਿੰਡ ਵਿੱਚ ਜਿੱਥੇ ਵੀਰਾਪੁਰ ਦੇ ਸਰਦਾਰ ਭੰਗੂਆਂ ਦੇ ਪਿੰਡਾਂ ਵਿੱਚ ਰਹਿੰਦੇ ਸੀ, ਜਿੱਥੋਂ ਸਰਦਾਰ ਮਹਿਤਾਬ ਸਿੰਘ ਜਿਹੜਾ ਭੰਗੂ ਪੈਦਾ ਹੋਇਆ ਸੀ, ਜਿਹਨ ਮੱਥੇ ਲੰਗਰ ਦਾ ਸਿਰ ਵੱਢਿਆ ਸੀ, ਇਸੇ ਤਰ੍ਹਾਂ ਹੀ ਸਾਡੇ ਇਸ ਜਨਰਲ ਸੁਹੇਗ ਸਿੰਘ ਨੇ ਜਿਹੜਾ ਇਹ ਕਮਾਂਡ ਸੰਭਾਲੀ ਔਰ ਬਹੁਤ ਵੱਡਾ ਜਿਹੜਾ ਹੈ ਕਰਤਵ ਕਰਕੇ ਬੜੀ ਵਿਉਂਤਬੰਦੀ ਦੇ ਨਾਲ ਜਿਹੜਾ ਉਹਨਾਂ ਨੇ ਗੁਰੂ ਪਿਆਰਿਓ ਇਸ ਜ਼ਾਲਮ ਸਰਕਾਰ ਨੂੰ ਲੋਹੇ ਦੇ ਚਣੇ ਚਵਾਏ। ਉਹ ਰਹਿੰਦੀ ਦੁਨੀਆ ਤੱਕ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਉਹ ਪੂਰਾ ਸਿੱਖ ਸੰਸਾਰ ਜਿਹੜਾ ਯਾਦ ਰੱਖੇਗਾ। ਜਿੰਨੇ ਵੀ ਆਪ ਸਨ ਫਰਾਂਸਿਸਕੋ ਦੀ ਧਰਤੀ ਤੇ ਪਹੁੰਚੇ ਹੋ ਗੁਰੂ ਪਿਆਰਿਓ, ਆਪ ਜਗ ਦੇ ਦੀਵੇ ਹੋ। ਆਪ ਮੈਂ ਬਹੁਤ ਵਾਰੀ ਇਸ ਸਟੇਜ ਤੋਂ ਕਹਿਣਾ ਹਮੇਸ਼ਾ ਹੀ ਕਿ ਜਿਹੜਾ ਮੜੀ ਤੇ ਜਗਦਾ ਚਿਰਾਗ ਹੁੰਦਾ, ਮੜੀ ਤੇ ਜਗਦਾ ਦੀਵਾ ਹੁੰਦਾ, ਭਾਵੇਂ ਉਹ ਕਿਸੇ ਦਾ ਰਸਤਾ ਨਾ ਰੋਸ਼ਨ ਆਏ, ਪਰ ਉਹ ਇਸ ਗੱਲ ਦਾ ਪ੍ਰਤੀਕ ਹੁੰਦਾ ਕਿ ਇਸ ਮੜੀ ਦੇ ਵਾਰਸ ਜਿਹੜੇ ਜੀਂਦੇ ਹਨ। ਇਸ ਨਗਰ ਕੀਰਤਨ ਦੇ ਵਿੱਚ ਆਪ ਜਿੰਨੇ ਵੀ ਪਹੁੰਚੇ ਹੋ, ਆਪ ਵਧਾਈ ਦੇ ਪਾਤਰ ਹੋ ਕਿ ਸਾਨੂੰ ਅੱਜ 42 ਸਾਲ ਬਾਅਦ ਵੀ ਉਸ ਹਿੰਦੁਸਤਾਨ ਦੇ ਕੀਤੇ ਹੋਏ ਜ਼ੁਲਮ ਗੁਰੂ ਪਿਆਰੇ ਯਾਦ ਹਨ। ਜਿੰਨੇ ਵੀ ਆਪ ਪਹੁੰਚੇ ਹੋ, ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਹੈ। ਆਓ ਮੈਂ ਬੇਨਤੀ ਕਰਾਂਗਾ ਭਾਈ ਜਸਵੰਤ ਸਿੰਘ ਜੀ ਹੋਤੀ, ਉਹ ਆਪਣੇ ਵਿਚਾਰ ਜਿਹੜੇ ਹੈ ਸੰਗਤਾਂ ਦੇ ਨਾਲ ਸਾਂਝੇ ਕਰਨਗੇ। ਭਾਈ ਜਸਵੰਤ ਸਿੰਘ ਜੀ ਹੋਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਾਇਆ ਗੋਡਿਆਂ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੀ ਸਮੁੱਚੀ ਸਾਧ ਸੰਗਤ ਜੀ, ਆਓ ਗੁਰੂ ਸਾਹਿਬ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਅੱਜ ਆਪਾਂ ਸਾਰੇ ਹੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਫਰੀडम ਰੈਲੀ ਦੇ ਵਿੱਚ ਸ਼ਾਮਲ ਹੋਏ ਆ। ਮੈਂ ਹੋਰ ਕੁਝ ਕਹਿਣ ਤੋਂ ਪਹਿਲਾਂ ਬੇਨਤੀ ਕਰਾਂਗਾ ਕਿ 2 ਮਿੰਟ ਲਈ ਆਪਾਂ ਸਾਰੇ ਹੀ ਆਪਣੀ ਜਿਹੜੀ ਸੁਰਤ ਹੈ ਉਹ ਦਰਬਾਰ ਸਾਹਿਬ ਵੱਲ ਲੈ ਕੇ ਜਾਈਏ ਕਿ ਅੱਜ 6 ਜੂਨ ਨੂੰ ਉੱਥੇ ਕਿਹੋ ਜਿਹੇ ਹਾਲਾਤ ਸੀ, ਕਿਹੋ ਜਿਹੇ ਸਾਡੇ ਸਿੰਘਾਂ ਸਿੰਘਣੀਆਂ ਬੱਚਿਆਂ ਦੀਆਂ ਲਾਸ਼ਾਂ
ਪਰ ਕਰਮਾਂ ਦੇ ਵਿੱਚ ਪਈਆਂ ਸੀ, ਕਿਹੋ ਜਿਹਾ ਉਹ ਬੰਜਰ ਸੀ। ਔਰ 42 ਸਾਲ ਬਾਅਦ ਵੀ ਉਹ ਰਿਸਕ ਦੇ ਜਿਹੜੇ ਜ਼ਖਮ ਨੇ ਉਹ ਸਮੁੱਚੀਆਂ ਸੰਗਤਾਂ ਦੇ ਮਨਾਂ ਦੇ ਵਿੱਚ ਉਸੇ ਤਰ੍ਹਾਂ ਨੇ। ਇਹ ਜੋ ਨਗਰ ਕੀਰਤਨ ਹੈ, ਇਹ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਟੂਰਿਸਟ ਸਿਟੀ ਹੈ ਸੈਨ ਫਰਾਂਸਿਸਕੋ। ਔਰ ਦੂਜਾ ਇਹਦੇ ਵਿੱਚ ਇਹ ਨਿਰਾਲਾਪਨ ਹੈ ਕਿ ਸਾਰੀਆਂ ਪੰਥਕ ਜਥੇਬੰਦੀਆਂ, ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਇੱਕ ਜਗ੍ਹਾ ਹੋ ਕੇ ਇਸ ਨਗਰ ਕੀਰਤਨ ਨੂੰ ਮਨਾਉਂਦੇ ਨੇ ਕਿ ਆਓ ਭਾਈ, ਜੇ ਸਿੱਖ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੈ ਤਾਂ ਇਸ ਕੌਮ ਦੇ ਅੱਗੇ ਕੋਈ ਖੜ ਨਹੀਂ ਸਕਦਾ। 2 ਵੇਲੇ ਅਰਦਾਸ ਕਰਿਆ ਕਰੀਏ ਸੱਚੇ ਪਾਤਸ਼ਾਹ ਸਿੱਖ ਕੌਮ ਨੂੰ ਹਰ ਪੱਖੋਂ ਤਾਂ ਤਰੱਕੀ ਬਖਸ਼ੀ, ਪਰ ਇਹ ਵੀ ਸਾਡੇ ਤੇ ਰਹਿਮ ਕਰ ਕਿ ਅਸੀਂ ਇੱਕ ਦੂਜੇ ਦੇ ਨਾਲ ਰਲ ਮਿਲ ਕੇ ਪੰਥ ਦੀਆਂ ਸਭਾਵਾਂ ਕਰ ਸਕੀਏ। ਸੋ ਮੇਰੇ ਸਾਹਮਣੇ ਗਦਰੀ ਬਾਬੇ ਗੁਰਦੁਆਰਾ ਸਾਹਿਬ ਸਟਾਕਟਨ ਤੋਂ ਉੱਥੋਂ ਦੇ ਸੈਕਟਰੀ ਸਾਹਿਬਾਨ ਜੋ ਪਹੁੰਚੇ ਹੋਏ ਨੇ, ਕੁਲਜੀਤ ਸਿੰਘ ਜੀ ਨਿੱਜਰ ਨੇ, ਅਮਰਜੀਤ ਸਿੰਘ ਜੀ ਤੌਂਗ ਨੇ ਸੈਨ ਫਰਾਂਸਿਸਕੋ ਤੋਂ, ਔਰ ਫਰੀਮੌਂਟ ਤੋਂ ਜੰਡੀ ਸਾਹਿਬ ਨੇ। ਇਹਨਾਂ ਸਾਰਿਆਂ ਨੇ ਆਪੋ ਆਪਣੇ 2-2 ਮਿੰਟ ਲਈ ਵਿਚਾਰ ਰੱਖਣੇ ਨੇ ਤਾਂ ਕਿ ਆਪਾਂ ਸਾਰੇ ਗੁਰੂ ਘਰਾਂ ਨੇ ਹਾਜ਼ਰੀ ਲਵਾਉਣੀ ਹੈ। ਸੋ ਚੇਚੇ ਤੌਰ ਦੇ ਉੱਤੇ ਗੁਰਦੁਆਰਾ ਸਾਹਿਬ ਫਰੀਮੌਂਟ ਇਹਨਾਂ ਦੀ ਸਮੂਹ ਪ੍ਰਬੰਧਕ ਕਮੇਟੀ ਨੂੰ ਬਹੁਤ ਬਹੁਤ ਵਧਾਈ, ਜਿੱਥੇ ਸਾਰੇ ਗੁਰੂ ਘਰਾਂ ਨੂੰ ਨਾਲ ਲੈ ਕੇ ਔਰ ਅੱਗੇ ਹੋ ਕੇ ਸਾਰੇ ਕੰਮ ਕਰਦੇ ਨੇ। ਭਾਈ ਅਮਰਤਪਾਲ ਸਿੰਘ ਜੀ ਸਮਰਾ ਸਾਹਿਬ ਜੀ ਵਿਚਾਰ ਰੱਖ ਕੇ ਗਏ ਨੇ। ਸੋ ਦਾਸ ਕੋਲੋਂ ਬੋਲਦੇ ਆ ਇੱਕ ਨਹੀਂ, ਕਈ ਵਾਰੀ ਨੇਕ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਗ੍ਰੰਥ ਗੁਰੂ ਪੰਥ ਹਮੇਸ਼ਾ ਬਖਸ਼ਣਹਾਰ ਹੈ। ਦੀਵਾਨ ਜਦੋਂ ਉੱਥੇ ਦੀਵਾਨ ਸਜਣੇ ਨੇ, ਉਹਦੇ ਵਿੱਚ ਸਾਡੀ ਕੌਮ ਦੇ ਮਹਾਨ ਪੰਥਕ ਬੁਲਾਰੇ ਜਿਹੜੇ ਨੇ ਉਹ ਪਹੁੰਚੇ ਹੋਏ ਨੇ, ਉਹਨਾਂ ਦੇ ਵਿਚਾਰ ਵੀ ਆਪਾਂ ਸਰਵਣ ਕਰਨੇ ਨੇ। ਡਾਕਟਰ ਅਮਰਜੀਤ ਸਿੰਘ ਜੀ ਪਹੁੰਚੇ ਹੋਏ ਨੇ, ਡਾਕਟਰ ਪ੍ਰਿਤਪਾਲ ਸਿੰਘ ਜੀ ਨੇ, ਬਾਕੀ ਧਾਰਮਿਕ ਜਥੇਬੰਦੀਆਂ, ਪੰਥਕ ਜਥੇਬੰਦੀਆਂ ਦੇ ਬੁਲਾਰਿਆਂ ਤੋਂ ਆਪਾਂ ਉਹਨਾਂ ਦੇ ਵਿਚਾਰ ਸਰਵਣ ਕਰਨੇ ਨੇ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਭ ਬੜੇ ਬੜੇ ਸਤਿਕਾਰ ਭਾਈ ਜਸਵੰਤ ਸਿੰਘ ਜੀ ਗੋਡੀ। ਹੁਣ ਮੈਂ ਬੇਨਤੀ ਕਰਾਂ ਫਰੀਮੌਂਟ ਤੋਂ ਜਸਵਿੰਦਰ ਸਿੰਘ ਜੀ ਗੋਡੀ ਕਿ ਆਪ ਅੱਗੇ ਸਾਹਮਣੇ ਆ ਕੇ ਆਪ ਦੀਆਂ ਸੰਗਤਾਂ ਦੇ ਦਰਸ਼ਨ ਕਰਨ। ਜਸਵਿੰਦਰ ਸਿੰਘ ਜੀ ਗੋਡੀ। ਆਪਣੀ ਰੱਖੋ ਦੋਨੇ ਨੇੜੇ ਦੋਨੇ ਫੜਦੇ। ਮਹਾਨ ਸ਼ਹੀਦਾਂ ਨੂੰ ਯਾਦ ਕਰਨ ਆਈ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ 14ਵਾਂ ਨਗਰ ਕੀਰਤਨ ਤੇ ਪਾਤਸ਼ਾਹੀ ਰੈਲੀ ਆਪਾਂ ਸੈਨ ਫਰਾਂਸਿਸਕੋ ਦੀ ਧਰਤੀ ਤੇ ਇਹ ਜੋ ਮਨਾ ਰਹੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਪਤਾ ਹੈ ਕਿ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਸ਼ਾਂਤਮਈ ਸ਼ਹਾਦਤ ਦਿੱਤੀ ਅਤੇ ਜੋ 6ਵੇਂ ਪਾਤਸ਼ਾਹ ਨੇ ਉਸ ਦਾ ਬਦਲਾ ਲਿਆ। ਤੇ ਕਈ ਵੀਰ ਸਾਡੇ ਕਹਿ ਦਿੰਦੇ ਕਿ ਜਿਹੜੇ ਭਈ ਅਸੀਂ ਬਹੁਤ ਨੁਕਸਾਨ ਕਰਾਇਆ 1984 'ਚ। ਮੈਂ ਕਹਿੰਦਾ ਵੀ ਗੁਰੂ ਪਾਤਸ਼ਾਹ, ਗੁਰੂ 6ਵੇਂ ਪਾਤਸ਼ਾਹ ਉਹਨਾਂ ਨੇ ਬਦਲਾ ਲਿਆ, ਕਿਉਂਕਿ ਉਹਨਾਂ ਨੇ ਵੱਡੀਆਂ 4 ਜੰਗਾਂ ਕਰਕੇ ਜ਼ਾਲਮ ਦਾ ਮੂੰਹ ਮੋੜ ਦਿੱਤਾ। ਤੇ ਮੈਂ ਇੱਕ ਹੋਰ ਦੱਸਣਾ ਚਾਹੁੰਦਾ, ਜੇ ਅਸੀਂ ਅੱਜ ਸਾਡੀ ਸੋਚ ਦੇ ਨਾਲ ਮਹਾਰਾਜ ਚੱਲਦੇ ਤੇ ਅਸੀਂ ਇਹ ਜ਼ਰੂਰ ਕਹਿੰਦੇ ਕਿ 6ਵੇਂ ਪਾਤਸ਼ਾਹ ਕਹਿੰਦੇ ਵੀ ਚਲੋ ਜਹਾਂਗੀਰ ਨੇ ਸਾਡੇ ਪਿਤਾ ਜੀ ਨੂੰ ਸ਼ਹੀਦ ਕਰ ਦਿੱਤਾ, ਸਾਡਾ ਨੁਕਸਾਨ ਹੋ ਗਿਆ ਤੇ ਆਪਾਂ ਚੁੱਪਚਾਪ ਬੈਠ ਜਾਈਏ। ਨਹੀਂ, ਇਹ ਨਹੀਂ ਸਾਡੀ ਰਵਾਇਤ। ਇਸੇ ਤਰ੍ਹਾਂ ਕਈ ਭੁੱਲੜ ਵੀਰ 1984 ਦੇ ਹਮਲੇ ਤੋਂ ਬਾਅਦ ਕਈ ਅਜੇ ਵੀ ਕਹਿੰਦੇ ਆ ਕਿ ਸਾਡਾ ਨੁਕਸਾਨ ਬਹੁਤ ਹੋ ਗਿਆ ਤੇ ਜਿਹੜੇ ਗੁਰੂ ਦੇ ਪਿਆਰੇ ਸੰਤ ਜਰਨੈਲ ਸਿੰਘ ਜੀ ਉੱਥੇ ਗਏ ਤੇ ਤਾਂ ਕਰਕੇ ਹੋਇਆ। ਨਹੀਂ, ਜੇ ਅਸੀਂ ਨਫੇ ਨੁਕਸਾਨ ਦੇਖਦੇ ਤੇ 10ਵੇਂ ਪਾਤਸ਼ਾਹ ਉਹਨਾਂ ਨੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਅਤੇ ਉਹ ਵੀ ਇਹ ਸੋਚ ਲੈਂਦੇ ਵੀ 9ਵੇਂ ਪਾਤਸ਼ਾਹ ਸ਼ਹੀਦ ਹੋ ਗਏ
ਤੇ ਸਾਡੇ ਪਿਤਾ ਜੀ ਤੇ ਸਾਨੂੰ ਕੋਈ ਲੜਨੇ ਦੀ ਲੋੜ ਨਹੀਂ, ਸਾਡਾ ਨੁਕਸਾਨ ਹੋ ਗਿਆ। ਇਹ ਗੱਲ ਨਹੀਂ, ਸਿੱਖੀ ਦੇ ਵਿੱਚ ਇਹ ਰਵਾਇਤ ਨਹੀਂ ਗੀ। ਗੁਰੂ ਸਾਹਿਬ ਨੇ ਸਰਬੰਸ ਵਾਰਿਆ ਨੰਦੇੜ ਦੀ ਧਰਤੀ ਤੇ ਜਾ ਕੇ, ਜਦੋਂ ਗੁਰੂ ਦੇ ਪਿਆਰੇ ਸਿੱਖ ਮੋਹਰੇ ਸਿੰਘ ਵਿਜਦੇ ਸੀ ਤੇ ਪ੍ਰਚਾਰ ਗੁਰਬਾਣੀ ਦਾ ਕਰਦੇ ਸੀ, ਤੇ ਉਹ ਕਹਿੰਦੇ ਸੀ ਮੈਂ ਬਹੁਤ ਕੁਝ ਖੱਟਿਆ ਆ ਮੇਰਾ ਖਾਲਸਾ ਜਿਹੜਾ ਮੋਹਰੇ ਬੈਠਾ। ਸੋ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਆਏ ਆ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ। ਤੀਜਾ ਘੱਲੂਘਾਰਾ ਹੋਇਆ, ਉਸ ਤੋਂ ਬਾਅਦ ਅਨੇਕਾਂ ਨੌਜਵਾਨ ਬੀਬੀਆਂ ਬੱਚੇ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਅਤੇ ਜੋ ਉਹਨਾਂ ਦਾ ਸੁਪਨਾ ਉਹ ਅਸੀਂ ਪੂਰਾ ਕਰਨਾ, ਸਵੀਕਾਰ ਕਰਨਾ। ਅਸੀਂ ਖਾਲਿਸਤਾਨ ਦੀ ਜੰਗ ਲੜਨੀ ਆ ਤੇ ਖਾਲਿਸਤਾਨ ਆਜ਼ਾਦ ਕਰਾਉਣਾ। ਇਸ ਕਰਕੇ ਇਸ ਕੈਲੀਫੋਰਨੀਆ ਦੇ ਸਮੁੰਦਰ ਦੇ ਕਿਨਾਰੇ ਇੱਕ ਬੜਾ ਵੱਡਾ ਸ਼ਹਿਰ ਜੋ ਸਨ ਫਰਾਂਸਿਸਕੋ ਆ, ਇਸ ਵਿੱਚ 14 ਸਾਲ ਪਹਿਲਾਂ ਇਹ ਸਾਰੇ ਗੁਰਦੁਆਰਾ ਸਾਹਿਬਾਨ ਸਮੂਹ ਜਥੇਬੰਦੀਆਂ ਨੇ ਰਲ ਕੇ ਇਹ ਆਪਣਾ ਪ੍ਰੋਗਰਾਮ ਲਿਖਿਆ ਸੀ। ਮੈਂ ਧੰਨਵਾਦ ਕਰਦਾ ਜਿਹੜੇ 14 ਸਾਲ ਤੋਂ ਨੌਜਵਾਨ ਵੀਰ ਇਹਦੇ ਵਿੱਚ ਸੇਵਾ ਕਰਦੇ, ਸਾਡੀਆਂ ਭੈਣਾਂ। ਮੈਂ 4 ਦਿਨ ਹੋ ਗਏ ਬੱਚੇ ਬੱਚੀਆਂ ਦੇਖਦਾ ਸੀ ਕਿ ਉਹਨਾਂ 'ਚ ਇੰਨਾ ਉਤਸ਼ਾਹ। 4 ਦਿਨ ਪਹਿਲਾਂ ਫਲੋਟ ਬਰੀਮੰਡ ਤੋਂ ਤਿਆਰ ਹੋ ਕੇ ਇੱਥੇ ਆ ਗਏ। ਉਹਨਾਂ ਦੀ ਜਿੰਨੀ ਸੁੰਦਰਤਾ ਬਣਾਉਣੀ ਸੀ, ਡੈਕੋਰੇਸ਼ਨ ਕਰਨੀ ਸੀ, ਉਹ ਬੱਚੇ ਨੌਜਵਾਨ ਬੱਚੇ 4 ਦਿਨ ਹੋ ਗਏ ਸੈਨ ਫਰਾਂਸਿਸਕੋ ਦੀ ਧਰਤੀ ਤੇ ਆ ਕੇ ਉਹਨਾਂ ਨੇ ਫਲੋਟ ਸਜਾਏ। ਮੈਂ ਉਹਨਾਂ ਦਾ ਧੰਨਵਾਦ ਕਰਦਾ। ਤੁਹਾਡਾ ਸੰਗਤਾਂ ਦਾ, ਸਮੂਹ ਜਥੇਬੰਦੀਆਂ, ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ, ਸੰਗਤ ਦਾ ਸਭ ਤੋਂ ਵੱਧ ਧੰਨਵਾਦ ਜਿਹੜੇ ਤੁਸੀਂ ਇੱਥੇ ਪਹੁੰਚ ਕੇ ਅੱਜ ਉਹਨਾਂ ਆਪਣੇ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਆਏ ਹੋ। ਸੋ ਮੈਂ ਅਰਦਾਸ ਕਰਦਾ ਮਹਾਰਾਜ ਤੁਹਾਡੀਆਂ ਅਰਦਾਸਾਂ ਪੂਰੀਆਂ ਕਰੇ, ਖਾਲਸੇ ਦਾ ਰਾਜ ਭਾਗ ਆਵੇ, ਅਤੇ ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਮੈਂ ਖਿਮਾ ਦਾ ਜਾਚਕਾਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਜਸਵਿੰਦਰ ਸਿੰਘ ਜੀ ਜੰਡੀ ਉਹਨਾਂ ਦਾ। ਗੁਰੂ ਪਿਆਰਿਓ, ਗਦਰੀ ਬਾਬੇ ਸਟੋਟਨ ਤੋਂ ਜਿਹੜੇ ਪ੍ਰੈਜ਼ੀਡੈਂਟ ਹੈ ਭਾਈ ਪਾਲ ਸਿੰਘ ਜੀ ਸੰਧੂ, ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਪਿਛਲੇ ਸਮੇਂ ਦੇ ਵਿੱਚ। ਮੋਡੈਸਟੋ ਤੋਂ ਗੁਰੂ ਘਰ ਦੀ ਸੰਗਤ ਜਿਹੜੀ ਹੈ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੀ ਹੈ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਸਾਰੇ ਤੋਂ ਪਹਿਲਾਂ ਗੁਰੂ ਪਿਆਰਿਓ, ਇੱਕ ਤੁਹਾਡੇ ਚਰਨਾਂ ਵਿੱਚ ਸੰਨਿਵਾਰ ਹੱਥ ਜੋੜ ਕੇ ਬੇਨਤੀ ਹੈ ਕਿ 5 ਸਿੰਘਾਂ ਦੇ ਪਿਛਲੇ ਪਾਸੇ ਆ ਜਾਓ। ਮੇਰੇ ਵੀਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਰਿਸਪੈਕਟ ਕਰਦੇ ਹੋਏ ਆਪਾਂ ਸਤਿਗੁਰੂ ਜੀ ਦੇ ਪਿਛਲੇ ਪਾਸੇ ਜਿਹੜਾ ਹੈ ਉਹ ਜ਼ਰੂਰ ਆਓ। 5 ਸਿੰਘ ਸਾਹਿਬਾਨ ਜਿਹੜੇ ਉਹ ਸਭ ਤੋਂ ਪਹਿਲਾਂ ਅੱਗੇ ਹੋਣਗੇ। ਹੁਣ ਮੈਂ ਬੇਨਤੀ ਕਰਦਾ ਸਾਰਿਆਂ ਤੋਂ ਪਹਿਲਾਂ ਭਾਈ ਅਮਰਜੀਤ ਸਿੰਘ ਚੌਂਗ, ਜਿਹੜੇ ਸਟੋਟਨ ਗੁਰੂ ਘਰ ਦੇ ਕਾਫੀ ਲੰਮਾ ਸਮਾਂ ਸੇਵਾਵਾਂ ਕਰਦੇ ਔਰ ਹਮੇਸ਼ਾ ਚੜ੍ਹਦੀ ਕਲਾ ਦੇ ਨਾਲ ਗੁਰੂ ਘਰ ਇੱਥੇ ਜਿਹੜੇ ਪਹੁੰਚਦੇ ਹਨ, ਉਹਨਾਂ ਨੂੰ ਬੇਨਤੀ ਹੈ। ਭਾਈ ਇੱਕ ਬੇਨਤੀ ਇਹ ਹੈ ਕਿ 3-4 ਮਿੰਟ ਦਾ ਜਿਹੜਾ ਸਮਾਂ ਹੈ ਵੱਧ ਤੋਂ ਵੱਧ ਉਹ ਰੱਖਿਆ ਕਰੋ, ਤਾਂ ਕਿ ਆਪਾਂ ਸਮੇਂ ਦੇ ਨਾਲ ਜਿਹੜੇ ਸਾਰਿਆਂ ਨੂੰ ਬੁਲਾਰਿਆਂ ਨੂੰ ਟਾਈਮ ਜਿਹੜਾ ਉਹ ਦੇ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਮਰਨ ਕਬੂਲ जीवन की छड़ आस हो सबना की रेणका तो आओ हमारे पास। सतगुरु श्री गुरु ग्रंथ साहिब जी महाराज जी की गोद विच जुड़ बैठी गुरु प्यारी साध संगत जी, आपां सारे पंजवें पातशाह साहिब सतगुरु श्री गुरु अर्जन देव जी महाराज की शहादत नूं समर्पित ਅਤੇ 1984 ਦੇ ਉਹਨਾਂ ਸਮੂਹ ਸ਼ਹੀਦਾਂ ਨੂੰ ਸਮਰਪਿਤ ਜੋ ਇਹ ਵਿਸ਼ਾਲ ਨਗਰ ਕੀਰਤਨ ਸਨ ਫਰਾਂਸਿਸਕੋ ਦੀ ਧਰਤੀ ਦੇ ਉੱਤੇ ਹੋ ਰਿਹਾ ਹੈ, ਅਤੇ ਨਾਲ ਹੀ ਪਾਤਸ਼ਾਹੀ ਰੈਲੀ ਸੱਜ ਰਹੀ ਹੈ। ਆਪ ਜੀ ਸਾਰੇ ਪਹੁੰਚੇ ਹੋ। ਤੁਹਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਦਾ ਵਾਸਤਾ ਤੇ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਦਾ ਵਾਸਤਾ, ਆਓ ਸਾਰੇ ਜਾਣੇ ਰਲ ਮਿਲ ਕੇ ਉਸ ਦਰਦ ਨੂੰ, ਉਸ ਅਹਿਸਾਸ ਨੂੰ ਅਹਿਸਾਸ ਕਰਦਿਆਂ ਹੋਇਆਂ ਕਿ ਸਾਨੂੰ ਸਾਡਾ ਰਾਜ, ਖਾਲਸਾ ਰਾਜ, ਖਾਲਿਸਤਾਨ ਚਾਹੀਦਾ ਹੈ। ਗੱਜ ਵੱਜ ਕੇ ਸਾਰੇ ਜਾਣੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰੂ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ, ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਲੰਮਾ ਸਮਾਂ ਮੈਂ ਸੇਵਾ ਕਰਦਾ ਰਿਹਾ ਹਾਂ। ਮੈਂ ਆਸ ਕਰਦਾ ਹਾਂ ਕਿ ਆਪ ਜੀ ਜਿੰਨੇ ਵੀ ਇੱਥੇ ਪਹੁੰਚੇ ਹੋ, ਉਸ ਸ਼ਹੀਦਾਂ ਦੀ ਸ਼ਹਾਦਤ ਦਾ ਅਹਿਸਾਸ ਕਰਕੇ ਇੱਥੇ ਪਹੁੰਚੇ ਹੋ, ਉਸ ਦਰਦ ਨੂੰ ਆਪਣੇ ਹਿਰਦਿਆਂ ਦੇ ਵਿੱਚ ਲੈ ਕੇ ਇੱਥੇ ਪਹੁੰਚੇ ਹੋ। ਜਦ ਤੱਕ ਸਾਡਾ ਖਾਲਸਾ ਰਾਜ ਨਹੀਂ ਬਣਦਾ, ਸਾਨੂੰ ਇਸੇ ਤਰ੍ਹਾਂ ਇਕੱਠ ਕਰਨੇ ਪੈਣੇ ਹਨ ਤੇ ਸਾਨੂੰ ਸਾਰਿਆਂ ਨੂੰ ਵੱਧ ਚੜ੍ਹ ਕੇ ਉਸ ਵਿੱਚ ਉਪਰਾਲਾ ਕਰਨਾ ਪੈਣਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਸੁਨੇਹਾ ਦੇਣਾ ਚਾਹੁੰਦਾ ਹਾਂ,
ਉਸ ਸ਼ਹੀਦਾਂ ਦੀ ਧਰਤੀ ਦੇ ਉੱਤੋਂ ਕਿ ਕਦੀ ਆਪਾਂ ਆਪਣੀ ਲਾਸ਼ ਪਈ ਦੇਖੀ ਹੈ, ਕਦੀ ਆਪਾਂ ਆਪਣੇ ਪੁੱਤ ਦੀ ਲਾਸ਼ ਪਈ ਦੇਖੀ ਹੈ, ਕਦੀ ਆਪਾਂ ਆਪਣੇ ਮਾਪਿਆਂ ਦੀਆਂ ਲਾਸ਼ਾਂ ਪਈਆਂ ਦੇਖੀਆਂ ਹਨ। ਜਿਨ੍ਹਾਂ ਦੀ ਯਾਦ ਦੇ ਵਿੱਚ ਤੁਸੀਂ ਜੁੜ ਕੇ ਇੱਥੇ ਖੜੇ ਹੋ, ਉਹਨਾਂ ਨੇ ਸਾਰਾ ਮੰਜ਼ਰ ਦੇਖਿਆ ਹੈ। ਉਸ ਦਰਦ ਨੂੰ, ਉਸ ਪੇਨ ਨੂੰ ਉਹਨਾਂ ਨੇ ਆਪਣੇ ਹੱਡੀ ਹੰਡਾਇਆ ਹੈ। ਉਸ ਗਦਰੀ ਬਾਬਿਆਂ ਨੇ ਇੱਥੋਂ ਜਾ ਕੇ ਇੱਕੋ ਹੀ ਸੁਪਨਾ ਦੇਖਿਆ ਸੀ ਸ਼ਹੀਦਾਂ ਦੀ ਧਰਤੀ ਦੇ ਉੱਤੋਂ ਕਿ ਸਾਡਾ ਖਾਲਸਾ ਰਾਜ ਹੋਵੇਗਾ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਉਸ ਰਾਜ ਦਾ ਮਾਣ ਮਹਿਸੂਸ ਕਰਦੀ ਹੋਈ ਖੁਸ਼ੀਆਂ ਭਰੀਆਂ ਜ਼ਿੰਦਗੀ ਬਤੀਤ ਕਰੇਗੀ। ਤੇ ਅੱਜ ਸਾਨੂੰ ਵੀ ਇਹੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸੀਂ ਸਾਰਿਆਂ ਨੇ ਰਲ ਮਿਲ ਕੇ ਉਸ ਖਾਲਸਾ ਰਾਜ ਲਈ, ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਅੰਤਮ ਸਵਾਸਾਂ ਤੱਕ ਜੂਝਣਾ ਹੈ। ਭਾਈ ਸੋਹਣ ਸਿੰਘ ਜੀ ਭਕਨਾ, ਉਹਨਾਂ ਨੂੰ ਜਦੋਂ ਹਿੰਦੁਸਤਾਨ ਦੇ ਵਿੱਚ ਇਹ ਗੱਲ ਪੁੱਛੀ ਗਈ ਸੀ ਕਿ ਆਪ ਜੀ ਦੇ ਕੁੱਬ ਕਿਸ ਤਰ੍ਹਾਂ ਪੈ ਗਿਆ, ਉਹਨਾਂ ਨੇ ਕਿਹਾ ਕਿ ਇਹ ਕੁੱਬ ਇਸ ਕਰਕੇ ਮੇਰੇ ਪਿਆ ਹੈ ਕਿ ਜਿਨ੍ਹਾਂ ਨੇ ਆਜ਼ਾਦੀ ਦੀਆਂ ਗੱਲਾਂ ਤੇ ਕੀਤੀਆਂ ਪਰ ਉਹਦਾ ਸਾਥ ਨਹੀਂ ਦਿੱਤਾ। ਆਪਾਂ ਗੱਲਾਂ ਵਾਲੇ ਨਹੀਂ ਬਣਨਾ, ਆਪਾਂ ਸਾਥ ਦੇਣਾ ਹੈ। ਜਿੰਨਾ ਚਿਰ ਆਪਣੇ ਸਵਾਸ ਚੱਲਦੇ ਹਨ, ਆਪਾਂ ਸਾਰਿਆਂ ਨੇ ਉਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਹੈ। ਫਿਰ ਇੱਕ ਵਾਰੀ ਜਿੰਨੇ ਵੀ ਗੁਰੂ ਘਰ ਇੱਥੇ ਪਹੁੰਚੇ ਹਨ, ਆਪ ਸਾਰੀ ਸੰਗਤ ਨੂੰ ਜੀਓ ਆਇਆਂ। ਆਪ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਮੋਹਿੰਦਰ ਸਿੰਘ ਗਦਰੀ ਬਾਬਿਆਂ ਦੇ ਗੁਰਦੁਆਰੇ ਵੱਲੋਂ ਬੋਲਣ ਡਿਆ ਜੀ। ਮੈਂ ਗੁਰਦੁਆਰਾ ਸਾਹਿਬ ਦਾ ਸੈਕਟਰੀ ਹਾਂ। ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਪਾਂ ਨੂੰ ਇਹ 84 ਨਾ ਭੁੱਲ ਸਕਦੀ ਆ, ਨਾ ਕਦੀ ਭੁੱਲੂਗੀ, ਨਾ ਜੋ ਵਾਪਰਿਆ ਸਾਡੇ ਨਾਲ ਇਹ ਕਦੀ ਭੁੱਲੂਗਾ। ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ। ਬਾਕੀ ਮੈਂ ਕੋਈ ਬੁਲਾਰਾ ਨਹੀਂ, ਮੈਨੂੰ ਬਹੁਤੀਆਂ ਗੱਲਾਂ ਆਉਂਦੀਆਂ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਲਤ ਤਾਂ ਨਹੀਂ ਬੋਲਿਆ ਭਾਜੀ? ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਇਸ ਤੋਂ ਅੱਗੇ ਬੇਨਤੀ ਕਰਾਂ, ਜੋ ਸਾਡੇ ਗੁਰੂ ਘਰ ਫਰੀਮਾਉਂਟ ਖਾਲਸਾ ਸਕੂਲ ਦੇ ਬੱਚੇ ਨੇ, ਜਿਹੜੇ ਕਿ ਆਪ ਜੀ ਨੂੰ ਕੁਇਸ਼ਰੀ 12 ਰਾਹੀਂ ਨਿਹਾਲ ਕਰਨਗੇ, ਸਾਹਿਬਜੋਤ ਸਿੰਘ, ਵਿਨੈ ਸਿੰਘ ਤੇ ਗੁਰਫਤਿਹ ਸਿੰਘ। 2 ਮਿੰਟ ਦੀ ਉਹਨਾਂ ਦੀ ਕੁਇਸ਼ਰੀ ਆ। ਉਸ ਤੋਂ ਬਾਅਦ 'ਚ ਆਪਾਂ ਇੱਥੋਂ ਅਰਦਾਸ ਬੇਨਤੀ ਕਰਕੇ ਨਗਰ ਕੀਰਤਨ ਦੇ ਚਾਲੇ ਪਾਉਣੇ ਨੇ। ਮੈਂ ਸਾਰੀ ਸੰਗਤ ਨੂੰ ਫਿਰ ਬੇਨਤੀ ਕਰਦਾ ਕਿ ਗੁਰੂ ਮਹਾਰਾਜ ਦਾ ਸਤਿਕਾਰ ਕਰਦੇ ਹੋਏ ਫਲੋਟ ਤੋਂ ਪਿੱਛੇ ਰਹੋ ਪਲੀਜ਼। ਅੱਗੇ ਕੋਈ ਵੀ ਨਾ ਖੜਾ ਹੋਵੇ, ਇੱਧਰੋਂ ਵੀ ਉਧਰੋਂ ਬੀਬੀਆਂ ਵਾਲੇ ਪਾਸੋਂ ਵੀ। ਬਾਰ-ਬਾਰ ਆਪ ਜੀ ਨੂੰ ਕਹਿਣ ਦੀ ਲੋੜ ਨਾ ਪਵੇ, ਇੰਨਾ ਕੁ ਸਾਡਾ ਕਿਹਾ ਬੇਨਤੀ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੜੋ ਇੱਕ ਮਾਈਕ ਉਹ ਚੱਕ ਲਓ, ਇੱਕ ਉਹ ਮਾਈਕ ਚੱਕ। ਵਾਹਿਗੁਰੂ ਉਹਨੇ ਪਾ ਦੋ ਕਾ ਫੜਨਾ ਨਹੀਂ ਮੈਂ ਫੜ ਚੱਲ ਪੜ ਜਲਦੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਵਰਤਿਆ ਜੂਨ 84 ਨੂੰ ਉਹ ਭੁੱਲਣ ਵਾਲਾ ਸਾਕਾ ਨੀ, ਜੋ ਕਹਿਰ ਕਮਾਇਆ ਇੰਦਰਾਂ ਨੇ ਕੋਈ ਕੱਟ ਮਸੇ ਤੋਂ ਬਾਕਾ ਨੀ। ਉਸ ਪੈਰੇ ਕੀਤੇ ਕਾਰੇ ਜੋ ਸਾਡੇ ਦਿਲ ਨਾਲ ਪੂਰਾ ਰੰਗ ਕਦੇ ਜੂਨ ਨਹੀਂ ਤਾਂ ਡਰਦਾ ਹੈ ਅੱਖਾਂ ਵਿੱਚ ਅਥਰੂ ਆ ਜਾਂਦੇ। ਜੋ ਵਰਤਿਆ ਜੂਨ 84 ਨੂੰ ਉਹ ਭੁੱਲਣ ਵਾਲਾ ਸਾਕਾ ਨੀ, ਜੋ ਕਹਿਰ ਕਮਾਇਆ ਇੰਦਰਾਂ ਨੇ ਕੋਈ ਕੱਟ ਮਸੇ ਤੋਂ ਬਾਕਾ ਨੀ। ਉਸ ਪੈੜੇ ਕੀਤੇ ਕਾਰੇ ਜੋ ਸਾਡੇ ਪੂਰਾ ਜਾਂਦੇ ਜਦ ਜੂਨ ਨਹੀਂ ਤਾਂ ਡਰਦਾ ਅੱਖਾਂ ਵਿੱਚ ਅਥਰੂ ਆ ਜਾਂਦੇ। 2 ਜੂਨ ਵਾਲੇ ਦਿਨ ਦਿੱਲੀ ਤੋਂ ਜੋ ਚੜ ਕੇ ਲਸ਼ਕਰ ਆਇਆ ਸੀ, ਆ ਅੰਮ੍ਰਿਤਸਰ ਦੀ ਧਰਤੀ ਨੂੰ ਫੌਜਾਂ ਨੇ ਘੇਰਾ ਪਾਇਆ ਸੀ। ਵੋਟਾਂ ਚਾਹੀਆਂ ਸ਼ਹਿਰ ਅੰਦਰ ਜੋ ਬਰੀ ਬੰਦ ਸ਼ਾਹਜਹਾਂ
ਹੋਏ ਬੂਹੇ ਬੰਦ ਦੁਕਾਨਾਂ ਦੇ ਤੇ ਹਫੜਾ ਦਫੜੀ ਪੈ ਗਈ ਸੀ, ਹੋਈ ਬਿਜਲੀ ਬੰਦ ਬਾਜ਼ਾਰਾਂ ਦੀ, ਸਭ ਖਲਕਤ ਡਰਦੀ ਛੈ ਗਈ ਸੀ। ਦੋ ਜੂਨ ਪਹਿਰ ਦੇ ਤੜਕੇ, 2 ਜੂਨ ਪਹਿਰ ਦੇ ਤੜਕੇ ਹੀ ਜਦ ਪਹਿਲੀਆਂ ਗੋਲੀਆਂ ਚਲੀਆਂ ਸੀ, ਸਭ ਖਤਮ ਕਰ ਦਿਓ ਸਿੱਖਾਂ ਨੂੰ, ਦਿੱਲੀ ਤੋਂ ਤਾਰਾਂ ਹਿੱਲੀਆਂ ਸੀ। ਇਹ ਪਿੰਡਾਂ ਵਾਲਾ ਨਾ ਹੁੰਦਾ ਮਰ ਮਿਟਣਾ ਹੈ ਗੁਰਤਾਮਾ ਲਈ, ਮਰ ਮਿਟਣਾ ਹੈ ਗੁਰਤਾਮਾ ਲਈ, ਸਿੰਘਾਂ ਨੇ ਮਤਾ ਪਕਾਇਆ ਏ, ਉਹਨਾਂ ਚੜ ਕੇ ਆਈਆਂ ਫੌਜਾਂ ਨੂੰ, ਸਿੱਖੀ ਦਾ ਬਲ ਦਿਖਾਇਆ ਏ। ਚੱਲਿਆ ਹੋਰ ਸੀਤੀਆਂ ਦਾ ਇਤਿਹਾਸ, ਸ਼ਹੀਦੀ ਪਾਰਾਂ ਦੇ ਜਦ ਜੂਨ ਮਹੀਨਾ ਚੜ੍ਹਦਾ ਏ, ਅੱਖਾਂ ਵਿੱਚ ਅਥਰੂ ਆ ਜਾਂਦੇ। 3-4 ਜੂਨ ਨੂੰ ਤੋਪਾਂ ਲੈ, 3-4 ਜੂਨ ਨੂੰ ਤੋਪਾਂ ਲੈ, ਬਖਤਰਬੰਦ ਗੱਡੀਆਂ ਆ ਗਈਆਂ, ਸਿੰਘਾਂ ਤੇ ਰਾਕਟ ਚੱਲੇ ਨਾ, ਉਹ ਵਿੱਚ ਸਰੋਵਰ ਜਾ ਪਈਆਂ। ਹੋਇਆ ਵਿੱਚ ਪਰ ਕਰਮਾਂ ਦੇ ਤਕਦੇ ਤੇਰੀ ਗੱਲ ਕਾਰਾਂ ਦੇ, ਜਦ ਜੂਨ ਮਹੀਨਾ ਚੜ੍ਹਦਾ ਏ, ਅੱਖਾਂ ਵਿੱਚ ਅਥਰੂ ਆ ਜਾਂਦੇ। ਜਦ ਚੜ੍ਹ ਕੇ ਆਈ ਕਮਾਂਡੋ ਨੂੰ, ਜਦ ਚੜ੍ਹ ਕੇ ਆਈ ਕਮਾਂਡੋ ਨੂੰ, ਸਿੰਘਾਂ ਨੇ ਤਰਤ ਲਿਟਾ ਦਿੱਤਾ, ਤੋਪਾਂ ਤੇ ਬੰਬ ਚਲਾਉਣੇ ਦਾ ਵੈਦਿਆਂ ਨੇ ਹੁਕਮ ਸੁਣਾ ਦਿੱਤਾ। ਦੱਸਿਆ ਸੀ ਉਹ ਦੋ ਹੀ ਸ਼ਰਮਾ ਪਾ ਜਾਂਦੇ, ਜਦ ਜੂਨ ਮਹੀਨਾ ਚੜ੍ਹਦਾ ਏ, ਅੱਖਾਂ ਵਿੱਚ ਅਥਰੂ ਆ ਜਾਂਦੇ। ਬੰਬਾਰਮੈਂਟ ਤੇ ਤੋਪਾਂ ਨੇ, ਬੰਬਾਰਮੈਂਟ ਤੇ ਤੋਪਾਂ ਨੇ ਸਾਡਾ ਤਖਤ ਅਕਾਲ ਉਡਾ ਦਿੱਤਾ, ਸ੍ਰੀ ਹਰਿਮੰਦਰ ਲਈ ਯੋਧਿਆਂ ਨੇ ਹੈ ਆਪਣਾ ਜੀਵਨ ਲਾ ਦਿੱਤਾ। ਹੱਥ ਜੋੜ ਪ੍ਰਣਾਮ ਸ਼ਹੀਦਾਂ ਨੂੰ, ਹੱਥ ਜੋੜ ਪ੍ਰਣਾਮ ਸ਼ਹੀਦਾਂ ਨੂੰ, ਜੋ ਲਾੜੀ ਮੌਤ ਵਿਆਹ ਜਾਂਦੇ, ਜਦ ਜੂਨ ਮਹੀਨਾ ਚੜ੍ਹਦਾ, ਅੱਖਾਂ ਵਿੱਚ ਅਥਰੂ ਆ ਜਾਂਦੇ, ਅੱਖਾਂ ਵਿੱਚ ਅਥਰੂ ਆ ਜਾਂਦੇ, ਅੱਖਾਂ ਵਿੱਚ ਅਥਰੂ ਆ ਜਾਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਇਹ ਸਨ ਸਾਡੇ ਖਾਲਸਾ ਸਕੂਲ ਪ੍ਰੀ ਮੋੜ ਦੇ ਬੱਚੇ ਸਾਹਿਬਜੋਤ ਸਿੰਘ, ਵਿਨੈ ਸਿੰਘ, ਗੁਰਫਤਿਹ ਸਿੰਘ, ਜਿਨ੍ਹਾਂ ਨੇ ਆਪ ਜੀ ਨੂੰ ਕਵਿਸ਼ਰੀ ਵਾਰ ਰਾਹੀਂ ਨਿਹਾਲ ਕੀਤਾ। ਇਸ ਤੋਂ ਅੱਗੇ ਮੈਂ ਬੇਨਤੀ ਕਰਾਂ ਸਾਡੇ ਸਟਾਕਟਨ ਤੋਂ ਭਾਈ ਕੁਲਜੀਤ ਸਿੰਘ ਜੀ ਨਿੱਜਰ ਆਪ ਸੰਗਤਾਂ ਦੇ ਆ ਕੇ 2 ਮਿੰਟ ਲਈ ਦਰਸ਼ਨ ਕਰਨਗੇ। ਭਾਈ ਕੁਲਜੀਤ ਸਿੰਘ ਜੀ ਨਿੱਜਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਤੀਜੇ ਘੱਲੂਘਾਰੇ ਦੀ ਯਾਦ ਵਿੱਚ ਅਤੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਇਹ ਜੋ ਖਾਲਿਸਤਾਨ ਰੈਲੀ, ਇਹ ਜੋ ਇੱਥੇ ਫਰੀडम ਰੈਲੀ ਕੱਢੀ ਜਾ ਰਹੀ ਹੈ, ਇਸ ਵਿੱਚ ਸ਼ਾਮਲ ਹੋਈਆਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੰਤਾਂ ਨੇ 2 ਜੂਨ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਪੱਤਰਕਾਰਾਂ ਨੇ ਪੁੱਛਿਆ ਸੀ ਤੇ ਸੰਤਾਂ ਨੇ ਕਿਹਾ ਸੀ ਅਸੀਂ ਖਾਲਿਸਤਾਨ ਮੰਗਦੇ ਨਹੀਂ, ਪਰ ਇਹ ਅੱਜ ਸਾਨੂੰ ਦੇਣ ਆਣਗੇ, ਇਸ ਕਰਕੇ ਅਸੀਂ ਖਾਲਿਸਤਾਨ ਜਿਹੜਾ ਬਣੇਗਾ ਉਸ ਦਾ ਅਸੀਂ ਸੰਗਤਾਂ ਨੂੰ
ਇਹ ਅਪੀਲ ਕਰਦੇ ਹਾਂ ਕਿ ਉਹ ਖਾਲਿਸਤਾਨ ਦੀ ਗੱਲ ਕਰਨ। ਇਹ ਟਕਸਾਲ ਜਿਸ ਨੇ ਬਹੁਤ ਵੱਡੀਆਂ ਸ਼ਹਾਦਤਾਂ ਦਿੱਤੀਆਂ, 1 ਜੂਨ ਨੂੰ ਸੁਲੱਖਣ ਸਿੰਘ ਜਗਾਦਰੀ ਜੋ ਮਹਿੰਗਾ ਸਿੰਘ ਬੱਬਰ ਦੇ ਨਾਮ ਨਾਲ ਜਾਣੇ ਜਾਂਦੇ ਸਨ, ਉਹਨਾਂ ਦੀ ਸ਼ਹਾਦਤ ਹੁੰਦੀ ਹੈ। 5 ਟਕਸਾਲ ਦੇ ਸਿੰਘ ਸ਼ਹੀਦ ਹੁੰਦੇ ਨੇ ਤੇ ਉੱਥੇ 5-7 ਜਿਹੜੇ ਸ਼ਰਧਾਲੂ ਵੀ ਸ਼ਹੀਦ ਹੁੰਦੇ ਨੇ। ਤੇ ਉਸ ਤੋਂ ਬਾਅਦ ਜੋ ਹੋਇਆ ਉਹ ਹਿੰਦੁਸਤਾਨ ਦੀ ਸਰਕਾਰ ਨੇ ਲੋਹੇ ਦੇ ਚਣੇ ਚਵਾਏ ਗਏ ਉੱਥੇ। ਤੇ ਇਹ ਇੱਕ ਇਤਿਹਾਸ ਹੈ। ਪਹਿਲੇ 2 ਘੱਲੂਘਾਰਿਆਂ ਤੋਂ ਇਹ ਵੱਖਰਾ ਕਿਵੇਂ ਆ? ਇਸ ਕਰਕੇ ਪਹਿਲਾ ਘੱਲੂਘਾਰਾ 1726 ਵਿੱਚ, ਦੂਜਾ 1762 ਵਿੱਚ ਹੋਇਆ ਤੇ ਤੀਜਾ ਇਹ ਵੱਡਾ ਘੱਲੂਘਾਰਾ ਜਦੋਂ ਉੱਥੇ ਵਾਪਰਿਆ, ਉਹ ਹਿੰਦੁਸਤਾਨ ਦੀ ਸਰਕਾਰ ਨੇ ਆਪਣੇ ਹੀ ਲੋਕਾਂ ਨੂੰ, ਆਪਣੇ ਹੀ ਸਿਟੀਜ਼ਨ ਨੂੰ ਮਾਰਿਆ। ਤੇ ਦੁਨੀਆ ਦੇ ਵਿੱਚ ਕਿਤੇ ਵੀ ਇਹੋ ਜਿਹੀ ਮਿਸਾਲ ਨਹੀਂ ਮਿਲਦੀ। ਸੰਤਾਂ ਦੇ ਛਾਤੀ ਦੇ ਵਿੱਚ 13 ਗੋਲੀਆਂ ਵੱਜੀਆਂ ਸਨ ਤੇ ਜਨਰਲ ਸਵੇਗ ਸਿੰਘ ਹੋਰਾਂ ਦੇ 4 ਗੋਲੀਆਂ ਵੱਜੀਆਂ, ਉਹਨਾਂ ਨੇ ਸ਼ਹਾਦਤ ਪੀਤੀ। ਅਸੀਂ ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਥੇ ਇਕੱਠੇ ਹੋਏ ਹਾਂ। ਇੱਥੇ ਖਾਲਿਸਤਾਨ ਦੀ ਜੋ ਸਾਡੀ ਸੰਘਰਸ਼ ਹੈ ਉਸ ਨੂੰ ਅੱਗੇ ਤੋਰਨ ਦੇ ਲਈ ਅੱਜ ਸਾਡੇ ਬੱਚੇ, ਨੈਕਸਟ ਜਨਰੇਸ਼ਨ ਸਾਨੂੰ ਇਹ ਦੱਸ ਕੇ ਗਏ ਨੇ ਕਿ ਅਸੀਂ ਤੁਹਾਡੇ ਵਾਰਸ ਹਾਂ, ਉਹ ਸ਼ਹੀਦਾਂ ਦੇ ਵਾਰਸ ਨੇ। ਅੱਜ ਬੱਚਾ ਜਨਮਿਆ ਜਦੋਂ ਹੋਸ਼ ਸੰਭਾਲਦਾ ਹੈ ਤੇ ਉਸ ਨੂੰ ਇੰਜ ਲੱਗਦਾ ਹੈ ਕਿ 84 ਉਸ ਦੇ ਸਾਹਮਣੇ ਹੋਇਆ ਹੈ। ਇਹ ਹਿੰਦੁਸਤਾਨ ਦੀ ਸਰਕਾਰ ਦੀ ਕੋਝੀ ਹਰਕਤ ਹੈ। ਰਲ ਮਿਲ ਕੇ ਆਪਾਂ ਕੌਮ ਦੀ ਗੱਲ ਕਰੀਏ। ਜੋ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਹੈ ਉਹ ਭਗਮਾ ਕਰਨ ਤੇ ਹੋ ਹੀ ਚੁੱਕਾ ਆ। ਜਿੰਨੇ ਵੀ ਅਕਾਲੀ, ਜਿੰਨੇ ਵੀ ਕਾਂਗਰਸੀ, ਉਹ ਸਾਰੇ ਬੀਜੇਪੀ ਨੂੰ ਜਵਾਨ ਕਰ ਰਹੇ ਨੇ। ਉੱਥੇ ਹੀ ਸਾਡੇ ਕੁਝ ਸੰਤ ਮਹਾਂਪੁਰਸ਼ ਵੀ ਉਸ ਪਾਸੇ ਨੂੰ ਤੁਰੇ ਨੇ। ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਕਿ ਅਕਾਲ ਤਖਤ ਸਾਹਿਬ ਦੇ ਬਰਾਬਰ ਤੁਸੀਂ ਦੂਜਾ ਫੰਕਸ਼ਨ ਰੱਖਣਾ, ਇਹ ਕੌਮਾਂ ਦੇ ਲਈ ਘਾਤਕ ਹੈ। ਅਸੀਂ ਬੇਨਤੀ ਕਰਦੇ ਉਹਨਾਂ ਜਥੇਬੰਦੀਆਂ ਨੂੰ, ਸਾਡੇ ਉਹ ਸਿੰਘ ਜੇ ਤੁਹਾਡੀ ਜਾਰੀ ਉਹਨਾਂ ਦਿੱਲੀ ਵਾਲਿਆਂ ਨਾਲ ਹੈ ਤੇ ਉੱਥੇ ਜਿਹੜੇ ਸਾਡੇ ਸਿੰਘ ਪਿਛਲੇ 40 ਸਾਲ ਤੋਂ ਅੰਦਰ ਨੇ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਹਵਾਰਾ, ਵੀਰ ਰਾਜੋਵਾਣਾ, ਭਾਈ ਤਾਰਾ ਤੇ ਹੋਰ ਬਹੁਤ ਸਾਰੇ ਸਿੰਘ ਜਿਹੜੇ ਅੰਦਰ ਨੇ, ਉਹਨਾਂ ਦੀ ਰਿਹਾਈ ਤੇ ਕਰਾ ਦਿਓ। ਤੁਸੀਂ ਫਿਰ ਕੌਮ ਨੂੰ ਮੂੰਹ ਦਿਖਾਉਣ ਚੁੱਕੇ ਹੋ ਜਾਓਗੇ। ਅਸੀਂ ਪ੍ਰਣ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਆਖਰੀ ਸਾਹ ਵੀ ਖਾਲਿਸਤਾਨ ਦੇ ਲਈ ਲੱਗੇਗਾ। ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸਿੱਖਾਂ ਦੇ ਲਈ ਕੋਈ ਹੋਰ ਰਾਹ ਨਹੀਂ ਹੈ। ਤੁਸੀਂ ਨਿਤ ਪ੍ਰਤੀ ਦੇਖਦੇ ਹੋ ਉਹਨਾਂ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਇੱਕ ਵੋਟਾਂ ਦੇ ਲਈ, ਇੱਕ ਆਪਦੀ ਵੋਟ ਦੇ ਲਈ ਮੋਹਰਾ ਰੱਖਿਆ। ਪਹਿਲਾਂ ਬਾਦਲ ਯੂਜ਼ ਕਰਦਾ ਰਿਹਾ, ਹੁਣ ਬੀਜੇਪੀ ਯੂਜ਼ ਕਰ ਰਹੀ ਹੈ। ਤੇ ਅਮਰਤਪਾਲ ਸਿੰਘ ਕੀ ਕਸੂਰ ਸੀ? ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਵਰਜਿਤ ਕਰਕੇ ਸਿੱਖੀ ਦੇ ਮੂਲ ਸਿਧਾਂਤ ਵੱਲ ਲਿਆਉਣ ਲਈ ਗੱਲ ਕਰਦਾ ਸੀ। ਉਸ ਨੂੰ ਡਿਬੜੂਗੜ੍ਹ ਜੇਲ੍ਹ ਵਿੱਚ ਪਿਛਲੇ 4 ਸਾਲ ਤੋਂ ਬਿਨਾਂ ਕੇਸਾਂ ਤੋਂ ਸੁੱਟਿਆ ਪਿਆ। ਕਿੱਥੇ ਦਾ ਇਹ ਨਿਆਂ ਆ? ਅਸੀਂ ਰਲ ਮਿਲ ਕੇ ਜਿਹੜੇ ਪਿਛਲੇ ਦਿਨੀ ਯੂਐਨ ਦੇ ਵਿੱਚ ਗੱਲਬਾਤ ਹੋਈ ਹੈ, ਉਹ ਟੀਮ ਅਸੀਂ ਜਿਹੜਾ ਸਾਰਿਆਂ ਨੂੰ ਉਹਨਾਂ ਦਾ ਧੰਨਵਾਦ ਕਰਦੇ ਹਾਂ। ਜਿਹੜਾ ਅਬਜ਼ਰਟਾਈਨ ਜਿਹੜੀ ਦੇਸ਼ ਦੇ ਨਾਲ ਗੱਲਬਾਤ ਹੋਈ ਹੈ, ਉਸ ਦਾ ਸਾੜ ਹਿੰਦੁਸਤਾਨ ਦੀ ਸਰਕਾਰ ਨੂੰ ਬਹੁਤ ਲੱਗਾ। ਤੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਉਹਨਾਂ ਨੂੰ ਬੇਨਤੀ ਕਰਦਾ, ਉਹ ਵੀਰੋ ਤੁਸੀਂ ਇਸ ਲਾਈਨ ਨੂੰ ਟੁੰਬੋ। ਜਿਹੜੀ ਸਾਡੀ ਜਨਰੇਸ਼ਨ ਹੈ, ਸਾਡੀ ਜਨਰੇਸ਼ਨ ਦੇ ਪੱਲੇ ਤਾਂ ਇਹੋ ਹੀ ਹੈ ਕਿ ਅਸੀਂ ਆਪਣੀਆਂ ਪਰਸਨਲੀਆਂ ਦੁਸ਼ਮਣੀਆਂ ਗੁਰੂ ਘਰਾਂ 'ਚ ਲਿਆ ਕੇ ਸਿੱਟਣਦੇ ਹਾਂ। ਗੁਰੂ ਘਰ ਜਦੋਂ 1892 ਦੇ ਵਿੱਚ ਜਿਹੜਾ ਬ੍ਰਿਟਿਸ਼ ਦੇ ਵਿੱਚ ਪਾਰਲੀਮੈਂਟ ਇਜਲਾਸ ਹੋਇਆ ਸੀ, ਉਸ ਦੇ ਵਿੱਚ ਇਹਨਾਂ ਗੱਲ ਆਖੀ ਸੀ ਕਿ ਸਿੱਖਾਂ ਨੂੰ ਸਿਰਫ ਤੇ ਸਿਰਫ ਸਿੱਖਾਂ ਦੇ ਨਜ਼ਰ ਰੱਖੀ ਜਾਵੇ, ਹੋਰ ਕਮਿਊਨਿਟੀਆਂ ਤੇ ਉਹਨਾਂ ਦੇ ਧਾਰਮਿਕ ਗਤੀਵਿਧੀਆਂ ਤੇ ਕਿਸੇ ਤੇ ਨਜ਼ਰ ਨਾ ਰੱਖੀ ਜਾਵੇ। ਕਾਰਨ ਉਹ ਕਹਿੰਦੇ ਸਨ ਕਿ ਜਿੰਨੀ ਦੇਰ ਤੱਕ ਇਹ ਗੁਰਦੁਆਰਿਆਂ ਨਾਲ ਜੁੜੇ ਨੇ, ਜਿੰਨੀ ਦੇਰ ਤੱਕ ਇਹ ਆਪਣੇ ਪੰਜਾਬੀ ਲੈਂਗੁਏਜ ਤੇ ਸਿਧਾਂਤ ਨਾਲ ਜੁੜੇ ਨੇ, ਉਹਨਾਂ ਚਿਰ ਇਹਨਾਂ ਨੂੰ ਹਰਾਉਣਾ ਮੁਸ਼ਕਲ ਹੈ। ਮੈਂ ਕਿਸੇ ਵੀ ਭੁੱਲ ਚੁੱਕ ਲਈ ਮਾਫੀ ਦੀ ਜਾਚਨਾ ਕਰਦਾ ਹਾਂ ਤੇ ਬੇਨਤੀ ਹੈ ਆਪਾਂ ਇਸ ਤੋਂ ਬਾਅਦ ਅਰਦਾਸ ਕਰੀਏ। ਅਰਦਾਸ ਕਰਕੇ ਆਪਾਂ ਨਗਰ ਕੀਰਤਨ ਇੱਥੋਂ ਆਰੰਭ ਹੋਵੇਗਾ। ਜਿਹੜੇ ਰੀਮੌਂਟ ਦੇ ਵੀਰ ਜਿਨ੍ਹਾਂ ਦਿਨ ਰਾਤ ਇੱਥੇ ਇੱਕ ਕੀਤੀ ਹੈ ਤੇ ਦੂਰੋਂ ਨੇੜੇ ਚੱਲ ਕੇ ਆਏ ਸਾਰੇ ਸਮੂਹ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਰਦਾਸ ਵਿੱਚ ਸ਼ਾਮਲ ਹੋਈਏ ਤੇ ਅਰਦਾਸ ਜੋ ਪ੍ਰਬੰਧਕਾਂ ਵੱਲੋਂ ਇਹ ਰੂਟ ਮਿੱਥਿਆ ਗਿਆ ਹੈ, ਉਸ ਨੂੰ ਆਪਾਂ ਬੜੇ ਸਤਿਕਾਰ ਨਾਲ ਜੋ ਇਹਨਾਂ ਨੇ ਪਲਾਨ ਬਣਾਈ ਹੈ ਉਹ ਤੇ ਆਪਾਂ ਚੱਲੀਏ। ਤੇ ਆਓ ਟਾਈਮ ਬਹੁਤ ਹੋ ਗਿਆ, ਕਿਸੇ ਭੁੱਲ ਚੁੱਕ ਲਈ ਮਾਫੀ
ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਕਾਰੇ, ਆਪਾਂ ਖਾਲਿਸਤਾਨ ਦੇਸ਼ ਦੀ ਮੰਗ ਕਰ ਰਹੇ ਹੋ ਤੇ 5 ਨਾਰੇ ਛੱਡੀਏ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਸੰਤ ਭਿੰਡਰਾਂ ਵਾਲਿਆਂ ਦੀ ਸੋਚ ਤੇ, ਸੰਤਾਂ ਦੀ ਸੋਚ ਤੇ, ਸੰਤਾਂ ਦੀ ਸੋਚ ਤੇ ਅਕਾਲ ਤਖਤ, ਅਕਾਲ ਤਖਤ ਤੋਂ ਆਈ ਆਵਾਜ਼, ਅਕਾਲ ਤਖਤ ਤੋਂ ਆਈ ਆਵਾਜ਼। ਉਹ ਅਕਾਲ ਤਖਤ ਜੋ ਦਿੱਲੀ ਦੇ ਤਖਤ ਤੋਂ ਉੱਚਾ ਹੈ, ਅਸੀਂ ਉਸ ਨੂੰ ਸਮਰਪਿਤ ਹੋਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਜੀ ਦਾ। ਇਸ ਤੋਂ ਉਪਰੰਤ ਮੈਂ ਫਿਰ ਬੇਨਤੀ ਕਰਾਂ ਵੀ ਜਿੰਨੀਆਂ ਵੀ ਸੰਗਤਾਂ ਸਾਈਡ ਤੇ ਖੜੀਆਂ ਨੇ, ਗੁਰੂ ਮਹਾਰਾਜ ਦਾ ਸਤਿਕਾਰ ਰੱਖਦੇ ਹੋਏ ਆਪ ਜੀ ਨੂੰ ਬਾਰ-ਬਾਰ ਕਹਿਣ ਦੀ ਲੋੜ ਨਾ ਪਵੇ। ਆਪਾਂ ਇੱਥੇ ਸੈਨ ਫਰਾਂਸਿਸਕੋ ਦੀ ਧਰਤੀ ਤੇ ਜੋ ਨਗਰ ਕੀਰਤਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਇੱਕ ਇਹੋ ਜਿਹਾ ਡਿਸਪਲਿਨ ਪੈਦਾ ਕਰਕੇ ਜਾਈਏ ਜਿਹੜੀਆਂ ਇੱਥੋਂ ਦੀਆਂ ਸੰਗਤਾਂ ਨੇ ਉਹਨੂੰ ਖੜ ਕੇ ਗੋਰੇ ਵੀ ਦੇਖਣ ਵੀ ਇਹਨਾਂ ਦਾ ਡਿਸਪਲਿਨ ਕਿਸ ਤਰੀਕੇ ਦਾ ਵਾ। ਗੁਰੂ ਮਹਾਰਾਜ ਤੋਂ ਅੱਗੇ ਕੋਈ ਵੀ ਨਾ ਤੁਰੇ। ਮੈਂ ਫਿਰ ਬੇਨਤੀ ਕਰਾਂ, ਗੁਰੂ ਮਹਾਰਾਜ ਦਾ ਸਤਿਕਾਰ ਕਰਦੇ ਹੋਏ ਸਾਰੇ ਜਾਣੇ ਫਲੋਰ ਤੋਂ ਪਿੱਛੇ ਤੁਰਿਓ। ਜਦੋਂ ਤੁਸੀਂ ਫਲੋਰ ਦੇ ਉੱਤੇ ਰਸਤੇ ਤੋਂ ਸੀਟਾਂ ਦੇ ਵਿੱਚ ਵੀ ਜਾਣਾ ਵਾ, ਕੋਈ ਵੀ ਸਾਈਡ ਤੋਂ ਦੀ ਹੋ ਕੇ ਅੱਗੇ ਜਾਣ ਦੀ ਕੋਸ਼ਿਸ਼ ਨਾ ਕਰੇ। ਨਾਲ ਹੀ ਬੇਨਤੀ ਕਰਾਂ, ਜੋ ਉੱਥੇ ਦੇ ਪ੍ਰੋਗਰਾਮ ਨੇ ਉਹ ਸ਼ਾਮ ਦੇ 5 ਵਜੇ ਤੱਕ ਚੱਲਣਗੇ। ਕੋਈ ਵੀ ਜਾ ਕੇ ਆਪਣੀਆਂ ਬੱਸਾਂ ਦੇ ਵਿੱਚ ਨਾ ਬੈਠੇ, ਕਿਉਂਕਿ ਬੱਸਾਂ ਦਾ ਜੋ ਤੁਰਨ ਦਾ ਸਮਾਂ ਹੈ ਉਹ 5 ਵਜੇ ਦਾ ਹੈ। ਇਹ ਇੰਨੀ ਕੁ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ। ਹੁਣ ਆਪਾਂ ਸਾਰੇ ਜਾਣੇ ਗੁਰੂ ਮਹਾਰਾਜ ਦਾ ਨਗਰ ਕੀਰਤਨ ਸਟਾਰਟ ਹੋਣ ਜਾ ਰਿਹਾ ਵਾ, ਸਾਰੇ ਜਾਣੇ ਆਪਾਂ ਅਰਦਾਸ ਵਿੱਚ ਸ਼ਾਮਲ ਹੋਈਏ। ਉਸ ਤੋਂ ਉਪਰੰਤ ਨਗਰ ਕੀਰਤਨ ਦੀ ਸ਼ੁਰੂਆਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮਾੜਾ ਜਿਹਾ ਦਿਓ ਥਾਂ ਜੀ ਹੈ। ਵਾਹਿਗੁਰੂ, ਵਾਹਿਗੁਰੂ। ਅੱਜ ਥੋੜੀ ਆਵਾਜ਼ ਕਰਾ ਦਿਓ ਜੀ। ਵਾਹਿਗੁਰੂ। ਤੁਦੇ ਆਗੇ ਅਰਦਾਸ ਹਮਾਰੀ, ਜੋ ਪਿੰਡ ਸਭ ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲਣਾ ਜੀ ਵਾਹਿਗੁਰੂ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਮ ਸਿਮਰੋ, ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਹ ਡਿਠੇ ਸਭ ਦੁਖ ਜਾਏ। ਏਕ ਬਹਾਦਰ ਸਿਮਰਿਆ, ਕਰ ਨਾਉ ਆਵੇ ਧਾਏ, ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀਓ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅੰਮ ਡਿਠ ਕੀਤਾ। ਇਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਤਨਿਆਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।
ਸਿੱਖੀ ਸਿਦਕ ਕੇ ਸਾਂ ਸੁਆਸਾਂ ਸੰਗ ਨਿਭਾਇਆ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ। ਜਿਤ ਆਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖਿਆ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ। ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ। ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਹਜੂਰ ਅਰਦਾਸ ਬੇਨਤੀ ਹੈ ਜੀ। ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦਾ ਸ਼ਹੀਦੀ ਪੁਰਬ ਬਣਾਉਂਦਿਆਂ ਹੋਇਆਂ ਅਤੇ ਕਬੀਰ ਮੋਹਿ ਮਰਨੇ ਕਾ ਚਾਉ ਹੈ। ਮਰੋ ਤਾਂ ਹਰ ਕੈ ਦੁਆਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਸਮੂਹ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਘੱਲੂਘਾਰਾ ਦਿਵਸ ਮਨਾਉਂਦਿਆਂ ਹੋਇਆਂ ਆਪ ਦੀਆਂ ਸਮੂਹ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀਓ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ। ਸੱਚੇ ਪਾਤਸ਼ਾਹ ਜੀ ਪੰਜ ਨਿਸ਼ਾਨਸੀ ਸਿੰਘ ਪੰਜਾਂ ਪਿਆਰਿਆਂ ਦੀ ਆਤੇ ਆਪ ਦੀ ਅਗਵਾਈ ਹੇਠ ਕਿਰਪਾ ਕਰੋ ਪਾਤਸ਼ਾਹ ਜੀ। ਨਗਰ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ। ਰਸਤੇ ਵਿੱਚ ਵਾਦ ਘਾਟ ਦੇ ਸਹਾਈ ਹੋਣਾ ਸੱਚੇ ਪਾਤਸ਼ਾਹ ਜੀਓ। ਸਮੂਹ ਸੇਵਕਾਂ ਤੋਂ ਸੰਗਤਾਂ ਤੋਂ ਆਪਣਾ ਨਾਮ ਜਪਾਉਣਾ ਅਤੇ ਆਪਣੀਆਂ ਸੇਵਾਵਾਂ ਆਪ ਲੈ ਲੈਣੀਆਂ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਬੋਲੇ ਗੱਜ ਕੇ ਕਿਹਾ ਜਾਵੇ ਨਿਹਾਲ ਹੋ ਜਾਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਨੂੰ ਭਾਵੇ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਨਗਰ ਕੀਰਤਨ ਦੀ ਆਰੰਭਤਾ ਹੋਣ ਜਾ ਰਹੀ ਹੈ। ਮੈਂ ਆਪ ਸਭ ਨੂੰ ਫਿਰ ਸਾਹਿਬ ਬੇਨਤੀ ਕਰਾਂ
ਕਿ ਜੋ ਸਾਡਾ ਸਿਟੀ ਦਾ ਪਰਮਿਟ ਹੈ ਉਹਦੇ ਅਕੋਰਡਿੰਗ ਆਪਾਂ ਰੂਲ ਨੂੰ ਫੋਲੋ ਕਰਦੇ ਹੋਏ ਨਗਰ ਕੀਰਤਨ ਦੇ ਪਿੱਛੇ ਪਿੱਛੇ ਜਾਣਾ ਸਾਰਿਆਂ ਨੇ। ਸਾਈਡ ਵਾਕ ਤੋਂ ਦੀ ਜਾਣ ਦੀ ਕੋਈ ਵੀ ਕੋਸ਼ਿਸ਼ ਨਾ ਕਰਿਓ ਜੇ ਸਾਨੂੰ ਪਰਮਿਟ ਲੈਣ ਦੇ ਵਿੱਚ ਨੈਕਸਟ ਟਾਈਮ ਪ੍ਰੋਬਲਮ ਆਵੇ, ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਆਓ ਹੁਣ ਨਗਰ ਕੀਰਤਨ ਦੀ ਆਰੰਭਤਾ ਹੋਣ ਲੱਗੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨੂੰ ਮੈਂ ਉੱਤੇ ਰੱਖ ਲੈਣਾ ਨਾ ਵਿੱਚ। ਹਾਂਜੀ ਪ੍ਰਵੀਨ ਠੀਕ ਹੈ ਨਾ, ਆਪਾਂ ਸ਼ੁਰੂਆਤ ਕੁਝ ਕਰ ਦਿੰਦੇ ਇਕੱਠੇ ਕਰ ਹੈ ਨਾ। ਹਾਂ ਆ ਜਾ। ਬੈਗ ਕਿੱਥੇ? ਹਾਂ ਬੈਗ ਲਾ ਕੇ ਕੈਮਰੇ 'ਚ ਵਧੀਆ ਨਹੀਂ ਆਉਂਦਾ ਇਹ ਲੱਗਦਾ। ਉਹਨਾਂ ਨੂੰ ਫੜਾ ਦੇ ਕਿੱਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਅਤੇ TV 84 ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਇਸ ਟਾਈਮ ਅਸੀਂ ਪਹੁੰਚੇ ਹੋਏ ਹਾਂ ਸੈਨ ਫਰਾਂਸਿਸਕੋ ਦੇ ਵਿੱਚ, ਜਿੱਥੋਂ ਤੁਸੀਂ ਪਿਛਲੇ ਕਈ ਘੰਟਿਆਂ ਤੋਂ ਲਗਾਤਾਰ ਕਵਰੇਜ ਦੇਖ ਰਹੇ ਹੋ ਪਾਤਸ਼ਾਹੀ ਰੈਲੀ ਨਗਰ ਕੀਰਤਨ ਦੀ। ਜੂਨ ਮਹੀਨੇ ਦੀ 6 ਤਰੀਕ 2026 ਦੇ ਵਿੱਚ ਅੱਜ ਇਹ 14ਵੀਂ ਵਾਰ ਨਗਰ ਕੀਰਤਨ ਪਾਤਸ਼ਾਹੀ ਰੈਲੀ ਉਹ ਸ਼ੁਰੂਆਤ ਹੋ ਚੁੱਕੀ ਆ। ਹੁਣ ਤੋਂ ਕੁਝ ਪਲ ਪਹਿਲਾਂ ਹੀ ਆਰੰਭਤਾ ਦੀ ਅਰਦਾਸ ਹੋ ਚੁੱਕੀ ਆ, ਜਿੱਥੇ ਕਿ ਆਪਾਂ ਦੇਖਿਆ ਵੀ ਦੂਰੋਂ ਨੇੜਿਓਂ ਸੰਗਤਾਂ ਜਿਹੜੀਆਂ ਆ ਉਹ ਆਲਰੇਡੀ ਪਹੁੰਚ ਚੁੱਕੀਆਂ ਆ। ਸੋ ਬਹੁਤ ਗੁਰੂ ਘਰਾਂ ਦੇ ਦੁਆਰਾ ਪ੍ਰਬੰਧ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਨਾਲ ਦੇ ਨਾਲ ਬੱਸਾਂ ਦਾ ਜਿਹੜਾ ਪ੍ਰਬੰਧ ਕੀਤਾ ਆ। ਤੇ ਆਓ ਹੁਣ ਆਪਾਂ ਤੁਹਾਨੂੰ ਇਸ ਦੀ ਜਿਹੜੀ ਲਾਈਵ ਕਵਰੇਜ ਆ ਨਾਲ ਦਿਖਾਈ ਚੱਲਾਂਗੇ। ਨਾਲ ਮੇਰੇ ਇਸ ਟਾਈਮ ਪ੍ਰਵੀਨ ਸ਼ਰਮਾ ਜੀ ਵੀ ਜੁੜ ਚੁੱਕੇ। ਪ੍ਰਵੀਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਕਨਵੀਰ ਸਿੰਘ ਜੀ, ਸੋ ਬਹੁਤ ਹੀ ਉਤਸ਼ਾਹ ਦੇ ਨਾਲ, ਬਹੁਤ ਹੀ ਸੰਗਤ ਦੇ ਇੱਕ ਜਜ਼ਬਾਤੀ ਹੋ ਕੇ ਜਿਵੇਂ ਆਪਾਂ ਕਹਿੰਦੇ ਮਾਹੌਲ ਸੀਗਾ, ਤੇ ਉਤਸ਼ਾਹ ਦੇ ਨਾਲ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਆ ਪਾਤਸ਼ਾਹੀ ਰੈਲੀ ਦੀ। ਬਹੁਤ ਸਾਰੀਆਂ ਸਾਨੂੰ ਇਹਤਿਆਤ ਵਰਤਣ ਦੀ ਲੋੜ ਆ, ਕਿਉਂਕਿ ਜੇ ਮੈਂ ਫੜ ਲਾਂ ਹਾਂਜੀ, ਕਿਉਂਕਿ ਪ੍ਰਬੰਧਕਾਂ ਨੇ ਵੀ ਰਾਜਕਨਵੀਰ ਸਿੰਘ ਜੀ ਬੇਨਤੀ ਕੀਤੀ ਆ ਵੀ ਸਾਈਡ ਵਾਕ ਨਾ ਮੰਨੀ ਜਾਵੇ। ਸੋ ਆਪਾਂ ਕਹਿਣਾ ਵੀ ਸਾਰੇ ਜਿਹੜੇ ਵੀ ਦਿਸ਼ਾ ਨਿਰਦੇਸ਼ ਨੇ ਉਹਨਾਂ ਦਾ ਪਾਲਣ ਕਰੋ, ਅਗਲੀ ਵਾਰੀ ਪਰਮਿਟ ਲੈਣ ਦੇ ਵਿੱਚ ਦਿੱਕਤ ਨਾ ਆਵੇ। ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਆ। ਤੇ ਬਾਕੀ ਜਿਹੜੇ ਪਰ ਵੀਰਾਂ ਨੇ ਸਪੀਚਾਂ ਦੇ ਵਿੱਚ ਜੋ ਸਾਕੇ ਸੁਣਾਏ ਨੇ, ਜੋ ਭਾਸ਼ਣ ਦਿੱਤੇ ਨੇ, ਉਹਨਾਂ ਤੋਂ ਤੁਸੀਂ ਕੌਮ ਦਾ ਜਿਹੜਾ ਉਤਸ਼ਾਹ ਤੇ ਜਿਹੜਾ ਜਜ਼ਬਾ ਆ ਤੀਜੇ ਘੱਲੂ ਘਾਰੇ ਨੂੰ ਲੈ ਕੇ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਤੇ ਆਪਾਂ ਨੂੰ ਨਹੀਂ ਭੁੱਲਣਾ ਚਾਹੀਦਾ ਵੀ ਜਿੱਥੇ ਇਹ ਜਿਹੜੀ ਸ਼ੁਰੂਆਤ ਆ ਉਹ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਸ਼ੁਰੂ ਹੁੰਦੀ ਆ, ਤੇ ਉਸ ਤੋਂ ਬਾਅਦ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਆ ਇਹ ਜਿਹੜਾ 2026 ਦਾ ਪਾਤਸ਼ਾਹੀ ਰੈਲੀ ਤੇ ਨਗਰ ਕੀਰਤਨ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜਿਹੜੀਆਂ ਦੂਰੋਂ ਨੇੜੋਂ ਆ ਰਹੇ ਨੇ, ਹਮਾ ਕੇ ਪਹੁੰਚੋ ਤੇ ਅਸੀਂ ਨਾਲ ਤੁਹਾਡੇ ਤੱਕ ਕਵਰੇਜ ਜਿਹੜੀ ਆ ਉਹ ਪਹੁੰਚਾਉਂਦੇ ਚੱਲਾਂਗੇ। ਜੀ ਰਾਜਕਰਮੀ ਸਿੰਘ ਜੀ। ਜੀ ਬਿਲਕੁਲ ਪ੍ਰਵੀਨ ਜੀ, ਸੋ ਇਹ ਬਹੁਤ ਜ਼ਰੂਰੀ ਆ। ਆਪਾਂ ਦੇਖ ਸਕਦੇ ਹਾਂ ਸਾਡੇ ਪਿੱਛੇ ਵੀ ਨਗਰ ਕੀਰਤਨ ਆ, ਜੋ ਪਾਲਕੀ ਸਾਹਿਬ ਵਾਲਾ ਫਲੋਟ ਆ, ਉਹ ਉਸਨੇ ਚਾਲੇ ਜਿਹੜੇ ਉਹ ਪਾ ਦਿੱਤੇ ਆ। ਸੋ ਆਪ ਸਭ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੇ ਅਜੇ ਤੁਸੀਂ ਸਾਨੂੰ ਦੇਖ ਰਹੇ ਹੋ, ਜੇ ਤੁਸੀਂ ਸੈਨ ਫਰਾਂਸਿਸਕੋ ਦੇ ਨਜ਼ਦੀਕ ਹੋ ਤਾਂ ਆਪ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜਾ ਸੈਨ ਫਰਾਂਸਿਸਕੋ ਦਾ ਸਿਵਲ ਸੈਂਟਰ ਵਾਲਾ ਪਲਾਜ਼ਾ ਆ, ਉੱਥੇ ਜਿਹੜਾ ਪਹੁੰਚੋ। ਬਾੜ ਵੀ ਆਉਂਦੀ ਆ, ਉਸ ਦੇ ਹੇਠਾਂ ਬਿਲਕੁਲ ਹੀ ਪਾਰਕਿੰਗ ਵੀ ਹੈ, ਤੇ ਆਪ ਸਭ ਨੂੰ ਬੇਨਤੀ ਹੈ ਵੀ ਜ਼ਰੂਰ ਹਮਾ ਕੇ ਜਿਹੜਾ ਆ ਉੱਥੇ ਜਿਹੜਾ ਪਹੁੰਚੋ। ਸੋ ਲਗਾਤਾਰ ਕਵਰੇਜ ਜਿਹੜੀ ਉਹ ਤੁਹਾਡੇ ਲਈ ਪੇਸ਼ ਕਰਦੇ ਜਿਹੜੇ ਉਹ ਜਾਵਾਂਗੇ। ਸੋ ਤੁਸੀਂ ਦੇਖ ਸਕਦੇ ਆ ਵੀ ਸੰਗਤਾਂ ਦੇ ਵਿੱਚ ਬਹੁਤ ਹੀ ਭਾਰੀ ਜੋ ਉਤਸ਼ਾਹ ਹੈ, ਤੇ ਇਸ ਟਾਈਮ ਬਿਲਕੁਲ ਤਕਰੀਬਨ 12 ਵਜੇ ਦਾ ਵਕਤ ਜਿਹੜਾ ਹੈ ਉਹ ਹੋ ਚੁੱਕਾ ਆ, ਤੇ 12 ਵਜੇ ਤੋਂ ਬਾਅਦ ਦੇ ਵਿੱਚ ਆਪਾਂ ਤਕਰੀਬਨ 1 ਘੰਟੇ ਦੇ ਵਿੱਚ ਜਾਂ ਉਸ ਤੋਂ ਵੀ ਪਹਿਲਾਂ ਜਿਹੜਾ ਆ ਉਹ ਪਹੁੰਚ ਜਾਣਾ ਆ। ਸੋ ਆਪਾਂ ਲਗਾਤਾਰ ਕਵਰੇਜ ਜਿਹੜੀ ਉਹ ਤੁਹਾਡੇ ਲਈ ਦਿਖਾਈ ਜਿਹੜੀ ਉਹ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਸੋ ਨਗਰ ਕੀਰਤਨ ਦੀ ਪਾਤਸ਼ਾਹੀ ਰੈਲੀ ਦੀ ਆਰੰਭਤਾ ਹੋ ਚੁੱਕੀ ਆ। ਵੀਰ ਜੀ ਕੀ ਕਹਿਣਾ ਚਾਹੁੰਦੇ ਆ? ਸਭ ਤੋਂ ਪਹਿਲਾਂ ਤਾਂ ਜੀ ਜਿੰਨੇ ਗੁਰੂ ਘਰ ਇੱਥੇ ਜਿੰਨੀਆਂ ਸੰਗਤਾਂ ਪਹੁੰਚੀਆਂ ਆ ਸ਼ਹੀਦਾਂ ਦੇ ਉਸ ਦਰਦ ਨੂੰ, ਠੀਕ ਹੈ ਜੀ, ਉਸ ਦਰਦ ਨੂੰ ਮਹਿਸੂਸ ਕਰਦਿਆਂ ਹੋਇਆਂ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਸਾਰੀਆਂ ਸੰਗਤਾਂ ਉਸ ਪਿਆਰ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਹੋਇਆਂ ਚੱਲਣਗੀਆਂ ਤੇ ਸਾਰੇ ਜਿੰਨੇ ਵੀ ਵੀਰ ਘਰਾਂ 'ਚ ਬੈਠੇ ਦੇਖਦੇ ਹਨ, ਜਿਨ੍ਹਾਂ ਦੇ ਮਨਾਂ ਦੇ ਵਿੱਚ ਦਰਦ ਆ, ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜ਼ਰੂਰ ਪਹੁੰਚਿਆ ਕਰੋ। ਜਦੋਂ ਇਹੋ ਜਿਹੀਆਂ ਪਾਤਸ਼ਾਹੀਆਂ ਰੈਲੀਆਂ ਹੁੰਦੀਆਂ ਇਹਦਾ ਹਿੱਸਾ ਬਣਨ ਵਾਸਤੇ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੋ, ਆਪਣੇ ਆਪ ਨੂੰ ਲੈ ਕੇ ਆਇਆ ਕਰੋ, ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਕਿਹਨਾਂ ਨੇ ਸਾਡੀ ਖਾਤਰ ਕੁਰਬਾਨੀਆਂ ਕੀਤੀਆਂ। ਅੱਜ ਗੁਰੂ ਪਾਤਸ਼ਾਹ ਦੀ ਕੁਰਬਾਨੀ ਨੂੰ ਲੋਕੀ ਵਿਸਾਰ ਚੁੱਕੇ ਆ, ਸ਼ਹੀਦਾਂ ਦੀ ਕੁਰਬਾਨੀ ਨੂੰ ਵਿਸਾਰ ਚੁੱਕੇ ਆ। ਇਸ ਕਰਕੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਤੁਹਾਡੇ ਇਸ ਪੰਜਾਬੀ ਰੇਡੀਓ ਯੂਐਸਏ ਦੇ ਮਾਧਿਅਮ ਦੇ ਰਾਹੀਂ ਕਿ ਹਮੇਸ਼ਾ ਪਹੁੰਚਿਆ ਕਰੋ, ਜਿੱਥੇ ਲਾਗੇ ਵੀ ਕੋਈ ਵੀ ਪਾਤਸ਼ਾਹੀ ਰੈਲੀ ਹੁੰਦੀ ਆ ਜ਼ਰੂਰ ਪਹੁੰਚਿਆ ਕਰੋ ਜੀ। ਧੰਨਵਾਦ ਆਪ ਸਾਰੀਆਂ ਸੰਗਤਾਂ ਦਾ। ਧੰਨਵਾਦ ਜੀ। ਸੋ ਗਦਰੀ ਬਾਬਿਆਂ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਤੋਂ ਉਹ ਆਪਣੇ ਨਾਲ ਜਿਹੜੇ ਉਹ ਚੱਲ ਰਹੇ ਸੀ, ਉਹਨਾਂ ਨੇ ਜਿਹੜਾ ਉਹ ਦੱਸਿਆ। ਸੋ ਆਲਰੇਡੀ ਆਪਾਂ ਜਿਹੜਾ ਆ ਮੌਂਟਗੋਮਰੀ ਜਿਹੜੀ ਸਟਰੀਟ ਆ ਉੱਥੋਂ ਆਪਾਂ ਮਾਰਕੀਟ ਸਟਰੀਟ ਦੇ ਉੱਤੇ ਵੱਲ ਨੂੰ ਜਿਹੜਾ ਉਹ ਜਾ ਰਹੇ ਆ। ਸੋ ਆਪ ਸਭ ਜਿਹੜੇ ਲਗਾਤਾਰ ਜਿਹੜੀ ਕਵਰੇਜ ਆ ਉਹ ਦੇਖੋਗੇ। ਆਪਾਂ ਤੁਹਾਨੂੰ ਵੱਖ-ਵੱਖ ਹੋਰ ਜਿਹੜੇ ਪ੍ਰਬੰਧਕ ਪਹੁੰਚੇ ਨੇ, ਹੋਰ ਸੇਵਾਦਾਰ ਜੋ ਆਏ ਨੇ, ਉਹਨਾਂ ਦੇ ਨਾਲ ਵੀ ਜਿਹੜਾ ਉਹ ਰੂਬਰੂ ਕਰਾਉਂਦੇ ਰਹਾਂਗੇ ਉਹਨਾਂ ਸੰਗਤਾਂ ਦੇ ਉੱਤੇ। ਇੱਕ ਚੀਜ਼ ਜਿਹੜੀ ਆ ਪਿਛਲੇ ਸਾਲਾਂ ਦੇ ਨਾਲੋਂ ਜਿਹੜੀ ਬੈਟਰ ਦੇਖਣ ਨੂੰ ਮਿਲ ਰਹੀ ਆ ਵੀ ਸੈਨ ਫਰਾਂਸਿਸਕੋ ਦੇ ਸ਼ਹਿਰ ਨੇ ਵੀ ਹੋਰ ਵੀ ਜ਼ਿਆਦਾ ਜਿਹੜੀ ਆ ਸਫਾਈ ਦੇ ਉੱਤੇ ਜਿਹੜਾ ਉਹ ਧਿਆਨ ਦਿੱਤਾ ਆ। ਉਹ ਆਪਾਂ ਦੇਖ ਰਹੇ ਆ ਪਹਿਲਾਂ ਮਾਰਕੀਟ ਸਟਰੀਟ ਦੇ ਉੱਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਆ ਰਹੇ ਆ ਵੀ ਉੱਥੇ ਡਿਫਰੈਂਟ ਸੀਗਾ ਮਾਹੌਲ, ਪਰ ਹੋਮਲੈਸ ਤੇ ਹੁਣ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਇੱਥੋਂ ਕਾਫੀ ਜ਼ਿਆਦਾ ਮੂਵ ਕੀਤਾ ਗਿਆ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਕੀ ਕਹਿਣਾ ਚਾਹੁੰਦੇ ਆ? ਨਗਰ ਕੀਰਤਨ ਦੀ ਪਾਤਸ਼ਾਹੀ ਰੈਲੀ ਦੀ ਆਰੰਭਤਾ ਹੋ ਚੁੱਕੀ ਹੈ। ਹਾਂਜੀ, ਆਪਣੇ ਜੋ ਆਪਾਂ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਮੂਹ 1984 ਸ਼ਹੀਦਾਂ ਨੂੰ ਸਮਰਪਿਤ ਨਗਰ ਕੀਰਤਨ ਕਰ ਰਹੇ ਹਾਂ। ਇਹ ਜੋ ਮਾਈ ਭਾਈ ਇੱਥੇ ਸਾਰੇ ਆਏ ਨੇ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਇਹਨਾਂ ਸਮੂਹ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਇੱਥੇ ਪਹੁੰਚੇ ਹੋ। ਜਿੰਨੇ ਹੋਰ ਵੀ ਮੇਰੀ ਆਵਾਜ਼ ਸੁਣਦੇ ਹੁਣ, ਆਪ ਸੈਨ ਫਰਾਂਸਿਸਕੋ ਦੀ ਧਰਤੀ ਜੋ ਨਗਰ ਕੀਰਤਨ ਆਪਾਂ ਸਾਲਾਨਾ ਕਰਦੇ ਹਾਂ ਸਾਰੇ ਨਾਰਥਰਨ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬ ਵੱਲੋਂ, ਸੋ ਸਭ ਨੂੰ ਬੇਨਤੀ ਆ ਕਿ ਸੋਹਮ ਹਮਾ ਕੇ ਪਹੁੰਚੋ। ਇਹ ਜੋ ਪ੍ਰੋਗਰਾਮ ਨੇ ਆਪਣੇ ਸ਼ਾਮ ਦੇ 5 ਵਜੇ ਤੱਕ ਚੱਲਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਜਿਹੜਾ ਨਗਰ ਕੀਰਤਨ ਜੋ ਸ਼ੁਰੂ ਹੋ ਚੁੱਕਾ ਹੈ ਸਿਵਲ ਸੈਂਟਰ ਪਲਾਜ਼ਾ, ਸਿਵਿਕ ਸੈਂਟਰ ਪਲਾਜ਼ਾ ਆ, ਉੱਥੇ ਜਿਹੜਾ ਉਹ ਹੋਵੇਗਾ। ਉੱਥੇ ਤੱਕ ਜਿਹੜਾ ਇਹ ਪਹੁੰਚਣਾ ਹੈ। ਸੋ ਕੁਝ ਪਲਾਂ ਦੇ ਵਿੱਚ, ਕੁਝ ਮਿੰਟਾਂ ਦੇ, ਕੁਝ 1 ਘੰਟੇ ਦੇ ਤਕਰੀਬਨ ਵਾਕ ਤੋਂ ਬਾਅਦ ਦੇ ਵਿੱਚ ਇਹ ਉੱਥੇ ਜਿਹੜਾ ਉਹ ਪਹੁੰਚੇਗਾ। ਸੋ ਆਓ ਤੁਹਾਨੂੰ ਹੋਰ ਆਪਾਂ ਜਿਹੜੇ ਪ੍ਰਬੰਧਕਾਂ ਦੇ ਨਾਲ, ਹੋਰ ਵੀਰਾਂ ਦੇ ਨਾਲ ਗੱਲਬਾਤ ਕਰਾਉਂਦੇ ਆ। ਨਿਸ਼ਾਨ ਦੇ ਇਹਨਾਂ ਨੂੰ ਅੱਗੇ ਜਾ ਰਹੇ ਠੀਕ ਆ। ਸਲਾਮੀ ਨਾਲ ਬੜਾ ਅਮਨ ਪੀਰ ਨਹੀਂ ਠੀਕ ਹੈ ਭਾਈ। ਸੋ ਲਗਾਤਾਰ ਕਵਰੇਜ ਜਿਹੜੀ ਆ ਉਹ ਤੁਸੀਂ ਦੇਖ ਰਹੇ ਹੋ। ਨਗਰ ਕੀਰਤਨ ਦੀ ਆਰੰਭਤਾ ਹੋ ਚੁੱਕੀ। ਮੇਰੇ ਨਾਲ ਇਸ ਟਾਈਮ ਬੋਬੀ ਸਿੰਘ ਜਿਹੜੇ ਜੁੜ ਚੁੱਕੇ ਨੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਨਗਰ ਕੀਰਤਨ ਪਾਤਸ਼ਾਹੀ ਰੈਲੀ ਦੀ ਰਫ਼ਤਾ ਹੋ ਚੁੱਕੀ ਆ, ਸੋ ਕਿੱਦਾਂ ਦੇਖਦੇ ਹੋ ਅੱਜ ਦੇ 14ਵੀਂ ਵਾਰ ਇਹ ਨਗਰ ਕੀਰਤਨ ਜਿਹੜਾ ਉਹ ਹੋ ਰਿਹਾ? ਦੇਖੋ ਜੀ, ਹਰੇਕ ਸਾਲ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਹੈ ਨਗਰ ਕੀਰਤਨ, ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਾ ਸਰਤਾਜ ਜਿਨ੍ਹਾਂ ਦੇ ਹੈਗੇ ਨੇ, ਉਹਨਾਂ ਦੇ ਯਾਦਗਾਰੀ ਦੇ ਵਿੱਚ ਜੂਨ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਮਹਾਨ ਨਗਰ ਕੀਰਤਨ ਤੁਹਾਡੇ ਸਾਹਮਣੇ ਆ। ਤੇ ਹੁੰਦਾ ਕਹਿੰਦੇ ਨੌਜਵਾਨ ਆਉਂਦੇ ਨਹੀਂ ਨਾ, ਤੁਹਾਡੇ ਸਾਹਮਣੇ ਆ, ਕਹਿੰਦਾ ਯੂਥ ਆਪਣੇ ਨਾਲ 18 ਸਾਲ ਦੇ ਬੱਚੇ ਹਾਈ ਸਕੂਲ ਦੇ ਵਿੱਚੋਂ ਆ, ਹੋਰ ਵੀ ਨੌਜਵਾਨ ਬਾਕੀ ਪਾਸੇ ਸੇਵਾ ਲੱਗੇ ਨੇ। ਤੇ ਇਦਾਂ ਹੀ ਅਸੀਂ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਾਰੇ ਵੀ ਦੱਸ ਰਹੇ ਆ ਸੰਗਤਾਂ ਨੂੰ, ਰਾਈਟ। ਸੋ ਇਹਦੇ ਨਾਲ ਇੱਕ ਅਵੇਅਰਨੈਸ ਕੈਂਪੇਨ ਵੀ ਚੱਲ ਰਹੀ ਆ। ਸੋ ਇੰਦਾਂ ਦੇ ਰੈਲੀਆਂ ਹੋਰ ਵੀ ਹੋਣੀ ਚਾਹੀਦੇ, ਇਦਾਂ ਦੇ ਹੋਰ ਨਗਰ ਕੀਰਤਨ ਹੋਣੇ ਚਾਹੀਦੇ ਜਿੱਥੇ ਪੰਥ ਦੀ ਆਵਾਜ਼ ਰੱਖੇ ਜਾਂਦੇ ਆ ਜੀ। ਤੇ ਜਿੱਥੇ ਗੱਲ ਹੈਗੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ, ਤੁਹਾਨੂੰ ਆਪਾਂ ਕਾਫੀ ਇਹਦੇ ਬਾਰੇ ਵਿਸਥਾਰ ਨਾਲ ਗੱਲਾਂ ਬਾਤਾਂ ਵੀ ਕਰਦੇ ਰਹੇ ਕਿ ਕਿਵੇਂ ਨਾ ਕਿਵੇਂ ਭਾਰਤ ਸਰਕਾਰ ਦਾ ਪੂਰਾ ਜ਼ੋਰ ਲੱਗਾ ਹੈ ਕਿ ਅਸੀਂ 1984 ਨੂੰ ਦਬਾਇਆ ਜਾਵੇ, ਇਸ ਗੱਲ ਨੂੰ, ਜੋ ਗੱਲ ਨੂੰ ਜਿਹੜਾ ਉਹ ਲਗਾ ਲਿਆ ਜਾਵੇ। ਬਿਲਕੁਲ ਜੀ। ਉਹ ਤੁਹਾਡੇ ਸਾਹਮਣੇ ਚਲੋ SPO 519 ਸਾਰਿਆਂ ਨੂੰ ਪਤਾ ਕਿ ਵੀਟੋ ਵੀ ਹੋਇਆ ਆ, ਪਰ ਸੰਘਰਸ਼ ਜਾਰੀ ਆ। ਇਹ ਆਪਾਂ ਵਾਸਤੇ ਦੀ ਗੱਲ ਨਹੀਂ, ਚੜ੍ਹਦੀ ਕਲਾ ਚ ਰਹਿਣਾ। ਇਹ ਸੰਘਰਸ਼ ਜਾਰੀ ਰਹੂਗਾ ਤੇ ਸਾਨੂੰ ਮਤਲਬ ਜਾਨਾਂ ਦੀ ਪਰਵਾਹ ਨਹੀਂ, ਠੀਕ ਹੈ ਨਾ। ਸੂਰਾ ਸੋਈ ਜੋ ਲੜੇ ਦੀਨ ਕੇ ਹੇਠ, ਠੀਕ ਹੈ ਨਾ। ਅਸੀਂ ਉਸ ਗੁਰੂ ਸਾਹਿਬ ਦੇ ਓਟ ਹਾਸਲ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਜਾਨ ਦੀ ਪਰਵਾਹ ਨਹੀਂ ਕੀਤੀ। ਹਾਂਜੀ, ਉਹਨਾਂ ਕਰਕੇ ਤੁਰੇ ਆ। ਉਹਨਾਂ ਨੇ ਇੱਕ ਮਿਸਾਲ ਪੈਦਾ ਕੀਤੀ। ਉਹਨਾਂ ਨੇ ਇਹ ਨਹੀਂ ਕਿਹਾ ਕਿ ਛੋਟਾ ਵੱਡੇ ਦੀ ਉਮਰ ਕੀ ਹੁੰਦੀ ਆ, ਉਹਨਾਂ ਨੇ ਇਹ ਦੱਸਿਆ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਕੀ ਹੁੰਦਾ ਆ। ਜਿੱਥੇ ਜੰਗ ਯੋਧਿਆਂ ਦੀ ਕੋਈ ਘਾਟ ਨਹੀਂ ਰਹੀ, ਹਮੇਸ਼ਾ ਹੀ ਮਹਾਰਾਜ ਨੇ ਹਮੇਸ਼ਾ ਹੀ ਅੰਗ ਸੰਗ ਸਹਾਈ ਰਹੇ ਨੇ। ਤੇ ਇੰਦਾ ਹੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ ਨਾਲ ਅਸੀਂ ਅੱਜ ਤੁਰੇ ਆ ਤੇ ਪ੍ਰਚਾਰ ਵੀ ਕਰੀ ਜਾਂਦੇ ਆਪਣੇ ਬਾਹਰ ਦੇ ਵਿਦੇਸ਼ਾਂ ਦੇ ਵਿੱਚ। ਤੇ ਤੁਹਾਡੇ ਸਾਹਮਣੇ ਹੀ ਆ ਕਿ ਕਿੱਥੇ ਤੱਕ ਸਿੱਖ ਕੌਮ ਦੀ ਆਵਾਜ਼ ਬੁਲੰਦ ਹੁੰਦੀ ਆ। ਖਾਸ ਕਰਕੇ TV 84 ਤੇ ਪੰਜਾਬੀ ਰੇਡੀਓ USA ਬਹੁਤ ਵਧੀਆ ਕੰਮ ਕਰ ਰਹੇ ਆ। ਜਿਵੇਂ ਇਹ ਸੇਵਾ ਹੀ ਹੈ ਇੱਕ ਤਰ੍ਹਾਂ ਦੀ, ਠੀਕ ਆ ਨਾ। ਇਹ ਤੁਹਾਡੀ ਡਿਊਟੀ ਵੀ ਆ ਤੇ ਜਿਹੜਾ ਵੀ ਆਪਣਾ ਡਿਊਟੀ ਨਿਭਾ ਸਕਦਾ ਨਿਭਾਓ। ਇਹੀ ਬੇਨਤੀ ਕਰਦੇ ਆ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ। ਹਾਂਜੀ, ਨੌਜਵਾਨ ਕੀ ਨਾਮ ਹੈ ਤੁਹਾਡਾ? ਹਰਨੂਰ ਸਿੰਘ। ਕਿੰਨੀ ਉਮਰ ਹੈ ਤੁਹਾਡੀ? ਆਪਣੇ 18 ਸਾਲਾਂ ਦਾ। ਤੁਸੀਂ ਹੱਥ ਦੇ ਵਿੱਚ ਕੀ ਆ ਪੈਂਫਲੇਟ ਬਾਰੇ ਥੋੜਾ ਸਾਨੂੰ ਦੱਸੋ। ਆਪਣੇ ਫਲਾਇਰ ਆ ਇੰਗਲਿਸ਼ 'ਚ ਕੀ ਸਮਝਾਉਣ ਲਈ ਕਿ 84 'ਚ ਆਪਣੇ ਕੀ ਹੋਇਆ, ਕਿ ਜਿਹੜਾ ਆਪਣਾ ਸਿੱਖ ਜੈਨੋਸਾਈਡ ਆ ਉਹ ਆਪਣੇ ਜਿਹੜੇ ਆਪਣੇ ਇੱਥੇ ਸੈਨ ਫਰਾਂਸਿਸਕੋ ਦੇ ਰੈਜ਼ੀਡੈਂਟਸ ਆ, ਗੋਰੇ ਕਾਲੇ ਜਿੱਦਾਂ, ਉਹਨਾਂ ਨੂੰ ਸਮਝਾਉਣ ਲਈ ਆ, ਉਹਨਾਂ ਨੂੰ ਦੱਸਣ ਲਈ ਆ। ਹਾਂਜੀ ਹਾਂਜੀ, ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ? ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੁਸੀਂ ਆਹ ਜੂਨ 1984 ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਅਤੇ ਤੀਜੇ ਘੱਲੂਘਾਰੇ ਨੂੰ ਸਮਰਪਿਤ ਜੋ ਸੈਨ ਫਰਾਂਸਿਸਕੋ ਦੇ ਵਿੱਚ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਆ, ਉਹ ਤੁਸੀਂ ਕਵਰ ਕਰ ਰਹੇ ਆ ਜੀ। ਮੇਰਾ ਨਾਮ ਹੈ ਜੀ ਦਾਸ ਦਾ ਕਿਰਨਦੀਪ ਸਿੰਘ ਰਾਣੂ, ਸੈਕਰਾਮੈਂਟੋ ਤੋਂ। ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਕਿ ਤੁਸੀਂ ਹਰੇਕ ਵਕਤ ਕੌਮ ਦੇ ਲਈ, ਪੰਥ ਦੇ ਲਈ, ਸੱਚ ਦੇ ਲਈ, ਹਿਊਮਨ ਰਾਈਟਸ ਲਈ ਤੁਸੀਂ ਆਵਾਜ਼ ਚੁੱਕਦੇ ਆ, ਜੋ ਕਿ ਸਿੱਖਾਂ ਦਾ ਧਰਮ ਹੈ। ਫਰੀडम ਆਫ ਰਿਲੀਜਨ ਉਹ ਜ਼ਰੂਰੀ ਆ ਸਾਰਿਆਂ ਲਈ, ਜੋ ਕਿ ਸਾਨੂੰ ਅਮਰੀਕਾ 'ਚ ਮਿਲ ਰਿਹਾ ਆ। ਪਰ ਅਫਸੋਸ ਦੀ ਗੱਲ ਆ ਸਾਡੇ ਪੰਜਾਬ ਦੇ ਧਰਤੀ ਦੇ ਵਿੱਚ ਸਾਨੂੰ ਨਹੀਂ ਮਿਲ ਰਿਹਾ। ਅਸੀਂ ਚਾਹੁੰਦੇ ਆ ਕਿ ਸਾਡਾ ਸਿੱਖ ਹੋਮਲੈਂਡ ਬਣੇ ਜਿੱਥੇ ਸਾਰਿਆਂ ਲਈ ਫਰੀडम ਆਫ ਰਾਈਟਸ ਹੋਣ, ਫਰੀडम ਆਫ ਰਿਲੀਜਨ, ਰਾਈਟ ਟੂ ਐਜੂਕੇਸ਼ਨ, ਰਾਈਟ ਟੂ ਬੇਅਰ ਆਰਮਸ, ਜਿਹੜੇ ਬੇਸਿਕ ਨੈਸੈਸਿਟੀਜ਼ ਆ ਜੋ ਆਪਾਂ ਇਹਦੇ ਅਮਰੀਕਾ 'ਚ ਦੇਖਦੇ ਆ। ਹਾਂਜੀ ਬਿਲਕੁਲ ਜੀ। ਜੇ ਆਪਾਂ ਦੇਖੀਏ ਜੋ ਅਮਰੀਕਾ ਦੇ ਪਹਿਲੇ 3 ਬਿਲ ਆਫ ਰਾਈਟਸ ਆ, ਉਹ ਅਸਲ ਦੇ ਵਿੱਚ ਸਿੱਖੀ ਦੇ ਵਿੱਚੋਂ ਆਏ ਆ। ਸਿੱਖੀ ਸਾਰਿਆਂ ਨਾਲੋਂ ਪਹਿਲਾ ਧਰਮ ਮਾਡਰਨ ਧਰਮ ਆ। ਹੋਰ ਕਿਸੇ ਧਰਮ ਦੇ ਵਿੱਚ ਇਕੁਅਲ ਰਾਈਟਸ ਨਹੀਂ ਹੈਗੇ ਜੀ। ਸਿੱਖੀ ਇੱਕ ਧਰਮ ਆ ਜਿਹਨੇ ਪਹਿਲਾਂ ਬੀਬੀਆਂ ਨੂੰ ਇਕੁਅਲ ਰਾਈਟਸ ਦਿੱਤੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੱਸਿਆ ਜੀ, ਬੀਬੀਆਂ ਕਰਕੇ ਹੀ ਯੋਧੇ ਸੂਰਮੇ ਗੁਰੂ ਪੀਰ ਜਨਮ ਲੈਂਦੇ ਆ। ਤੇ ਸਿੱਖੀ ਵਰਗਾ ਕੋਈ ਐਡਵਾਂਸ ਧਰਮ ਹੈ ਨਹੀਂ। ਪਰ ਅਫਸੋਸ ਦੀ ਗੱਲ ਇਹ ਹੈ ਜੀ, ਸਾਡੇ ਲੋਕ ਇਹ ਸਮਝ ਨਹੀਂ ਪਾ ਰਹੇ। ਸਾਨੂੰ ਆਜ਼ਾਦੀ ਚਾਹੀਦੀ ਆ, ਉਹ ਇਸ ਲਈ ਚਾਹੀਦੀ ਆ ਕਿ ਸਾਨੂੰ ਦਬਾਇਆ ਜਾ ਰਿਹਾ ਆ। ਜਿਹੜਾ ਸਿੱਖੀ ਧਰਮ ਹੈ ਜੀ, ਅਸੀਂ ਬਹੁਤ ਦੁਨੀਆ ਦੇ ਅਮੀਰ ਸਮਝਦੇ ਆਪਣੇ ਆਪ ਨੂੰ ਕਿ ਅਸੀਂ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਆ ਤੇ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਆ। ਤੇ ਉਸ ਤੋਂ ਬਾਅਦ ਸਾਨੂੰ ਅਮਰੀਕਾ ਦੀ ਧਰਤੀ ਦੇ ਵਿੱਚ ਆ ਕੇ ਐਜੂਕੇਸ਼ਨ ਮਿਲੀ। ਅਸੀਂ ਉਹਦੇ ਲਈ ਬਹੁਤ ਬਹੁਤ ਧੰਨਵਾਦੀ ਹਾਂ ਜੀ। ਤੇ ਗੁਰੂ ਮਹਾਰਾਜ ਕਿਰਪਾ ਕਰਨ। ਅਸੀਂ ਅੱਜ ਇਹ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਦੱਸ ਸਕੀਏ ਕਿ ਸਾਡੇ ਨਾਲ ਕੀ ਹੋਇਆ। ਅਸੀਂ ਅਵੇਅਰਨੈਸ ਕ੍ਰੀਏਟ ਕਰੀਏ, ਅਸੀਂ ਲੋਕਾਂ ਨੂੰ ਸੂਚਿਤ ਕਰੀਏ ਕਿ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਆਵਾਜ਼ ਦਬਾਈ ਜਾ ਰਹੀ ਆ। ਤੇ ਜੋ ਕਿ ਪੰਜਾਬੀ ਰੇਡੀਓ USA ਕਰ ਰਿਹਾ ਆ, ਕਿਉਂਕਿ ਇੰਡੀਅਨ ਮੀਡੀਆ ਇਸ ਵੇਲੇ ਜਰਨਲਿਜ਼ਮ ਦੀ ਇੰਡੈਕਸ ਤੇ ਲੋਐਸਟ ਤੇ ਆ, 147 ਲੋਐਸਟ ਇਨ ਦ ਵਰਲਡ। So we really appreciate Punjabi Radio USA for covering this event and covering all the Panthak events, you know, that bring about awareness, ਜਿਸ ਕਰਕੇ ਅਸੀਂ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾ ਸਕੀਏ ਸਾਡੇ ਨਾਲ ਕੀ ਹੋ ਰਿਹਾ ਆ। ਤੇ ਗੁਰੂ ਮਹਾਰਾਜ ਕਿਰਪਾ ਕਰਨ ਜੀ, ਜੋ ਸ਼ਹੀਦਾਂ ਦਾ ਖੂਨ ਡੁੱਲਿਆ ਆ ਉਹ ਵਿਅਰਥ ਨਹੀਂ ਜਾਊਗਾ। ਮਹਾਰਾਜ ਕਿਰਪਾ ਕਰਨ, ਸਿੰਘਾਂ ਨੂੰ ਆਪਣਾ ਘਰ ਛੇਤੀ ਮਿਲੂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਤੁਸੀਂ ਸੁਣ ਰਹੇ ਸੀ ਨੌਜਵਾਨਾਂ ਦੀ ਜਿਹੜੇ ਦਿਲਾਂ ਦੇ ਵਿੱਚ, ਮਨਾਂ ਦੇ ਵਿੱਚ ਜੋ ਹੈਗਾ ਆ, ਉਹ ਆਪਾਂ ਇਸ ਤਰੀਕੇ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ। ਸੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਸਕਦੇ ਆ ਪਿੱਛੇ,
ਵੀ ਉਹ ਇਸ ਟਾਈਮ ਜਿਹੜਾ ਉਹ ਆ ਰਿਹਾ ਆ। ਸੋ ਅੱਗੇ ਨਗਾਰੇ ਦੇ ਨਾਲ ਨਗਾਰੇ ਦੀ ਸ਼ੁਰੂਆਤ 'ਚ, ਉਸ ਤੋਂ ਬਾਅਦ ਦੇ ਵਿੱਚ ਪੰਜ ਸ਼ਾਂਚੀ, ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਇਹ ਜਿਹੜਾ ਨਗਰ ਕੀਰਤਨ ਆ ਉਹ ਚੱਲ ਰਿਹਾ ਆ। ਆਪਣੇ ਨਾਲ ਇਸ ਟਾਈਮ ਬਲਵਿੰਦਰਪਾਲ ਸਿੰਘ ਖਾਲਸਾ ਜੀ ਜੁੜੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਅਮਰੀਕਾ ਦੇ ਦਿਲ ਸੈਨ ਫਰਾਂਸਿਸਕੋ ਕੈਲੀਫੋਰਨੀਆ ਦੇ ਵਿੱਚ, ਇਹ ਜਿਹੜਾ ਅੰਤਰਰਾਸ਼ਟਰੀ ਸ਼ਹਿਰ ਹੈ, ਉੱਥੇ ਅਸੀਂ ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਦੀ ਤੀਜੇ ਘੱਲੂਘਾਰੇ ਦੀ 42ਵੀਂ ਵਰ੍ਹੇਗੰਢ ਮਨਾ ਰਹੇ ਹਾਂ ਤੇ ਸੰਗਤਾਂ ਗੁਰੂ ਮਹਾਰਾਜ ਦੀ ਛਤਰ ਛਾਇਆ ਦੇ ਹੇਠ ਅੱਗੇ ਵਧ ਰਹੀਆਂ ਨੇ। ਸੋ ਇਹ ਜਿਹੜਾ ਘੱਲੂਘਾਰਾ ਹੈ, ਇਹ ਜਦੋਂ ਅਮਰੀਕਾ ਦੇ ਏਡੇ ਵੱਡੇ ਸ਼ਹਿਰਾਂ ਵਿੱਚ ਮਨਾਇਆ ਜਾਂਦਾ ਹੈ ਤੇ ਪੰਜਾਬੀ ਰੇਡੀਓ USA ਉਹਦੀ ਮੁਲਾਕਾਤ ਸਾਰਿਆਂ ਨੂੰ ਵਿਖਾ ਰਿਹਾ ਹੈ। ਇਹਦਾ ਮਤਲਬ ਇਹ ਹੈ ਕਿ ਇਹ ਕੋਈ ਬਹੁਤ ਵੱਡੀ ਗੱਲ ਹੋਣ ਜਾ ਰਹੀ ਹੈ, ਜਿਹੜੀ ਸਾਡੀ ਹੋਂਦ, ਸਾਡੀ ਹਸਤੀ, ਸਾਡੀ ਖੁਦਮੁਖਤਿਆਰੀ ਤੇ ਸਾਡੀ ਪਾਤਸ਼ਾਹੀ ਦੇ ਲਈ ਬਹੁਤ ਜ਼ਰੂਰੀ ਹੈ। ਲੋਕਲ ਜਿਹੜੇ ਨਗਰ ਕੀਰਤਨ ਨਿਕਲਦੇ ਹਨ, ਉਹਨਾਂ ਦੀ ਸਥਾਨਕ ਮਹੱਤਤਾ ਹੈ ਬਹੁਤ ਜ਼ਿਆਦਾ, ਪਰ ਜਦੋਂ ਅਸੀਂ ਕਿਸੇ ਵੱਡੇ ਸ਼ਹਿਰ ਦੇ ਵਿੱਚ ਏਡੇ ਵੱਡੇ ਪਾਤਸ਼ਾਹੀ ਰੈਲੀ, ਫਰੀडम ਮਾਰਚ ਕਰਦੇ ਹਾਂ, ਗੁਰੂ ਅਰਜਨ ਸਾਹਿਬ ਨੂੰ ਯਾਦ ਕਰਦੇ ਹਾਂ ਤੇ ਉਹਦੇ ਬੜੇ ਵੱਡੇ ਅਰਥ ਬਣਦੇ ਆ। ਇੱਥੇ ਬੜੇ ਦੁਨੀਆ ਦੇ ਟੂਰਿਸਟ ਆਉਂਦੇ ਨੇ, ਇੱਥੇ ਸਰਕਾਰਾਂ ਨੇ, ਸਾਰਾ ਕੁਝ ਹੈਗਾ, ਦੁਨੀਆ ਦੇ ਵੱਡੇ ਵੱਡੇ ਬਿਜ਼ਨਸਮੈਨ ਨੇ, ਉਹਨਾਂ ਸਾਰਿਆਂ ਨੂੰ ਪਤਾ ਲੱਗਦਾ ਕਿ ਸਿੱਖ ਵੀ ਕੋਈ ਹਸਤੀ ਨੇ। ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਤੇ ਅਸੀਂ ਉਸ 42ਵੀਂ ਯਾਦ ਨੂੰ ਵੱਡੇ ਰੂਪ ਦੇ ਵਿੱਚ ਮਨਾ ਰਹੇ ਹਾਂ ਤੇ ਅਸੀਂ ਇਹ ਜਿਹੜੀ ਯਾਦ ਹੈ 42ਵੀਂ ਯਾਦ, ਇਹ ਅਸੀਂ ਭੁੱਲਣ ਨਹੀਂ ਦੇਣੀ। ਹਾਲੇ 2 ਦਿਨ ਪਹਿਲਾਂ ਹੀ ਤੇ ਤੁਸੀਂ ਸਾਰੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਵੋ ਤੇ ਹਾਲੇ 2 ਦਿਨ ਪਹਿਲਾਂ ਅਮਰੀਕੀ ਸੈਨੇਟ ਦੇ ਵਿੱਚ ਅਰਦਾਸ ਦਿਵਸ ਹੋਇਆ ਹੈ। ਉਸ ਅਰਦਾਸ ਦਿਵਸ ਦੀ ਤੁਸੀਂ ਰਿਪੋਰਟ ਦੇਖੀ ਹੋਣੀ ਹੈ। ਉਸ ਅਰਦਾਸ ਦੀ ਵਿੱਚ ਸਾਰੇ ਕਾਂਗਰਸਮੈਨ, ਸਾਰੇ ਸੈਨੇਟਰ ਸ਼ਾਮਲ ਹੋਏ ਹਨ, ਜੋ ਕਿ ਬਹੁਤ ਵੱਡੀ ਗੱਲ ਹੈ। ਸੋ ਆਓ ਆਪਾਂ ਰਲ ਮਿਲ ਕੇ ਆਪਣੀ ਆਜ਼ਾਦੀ ਵੱਲ ਵਧੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਸਭ ਨੂੰ ਅਸੀਂ ਨਾਲ ਦੇ ਨਾਲ ਬੇਨਤੀ ਕਰਦੇ ਹਾਂ, ਜਿਹੜੀਆਂ ਸੰਗਤਾਂ ਲਾਈਵ ਦੇਖ ਰਹੀਆਂ ਆ, ਜੇ ਅਜੇ ਤੁਸੀਂ ਸੈਨ ਫਰਾਂਸਿਸਕੋ ਪਹੁੰਚਣ ਵਾਲੇ ਹੋ ਜਾਂ ਪਹੁੰਚਣਾ ਹੈ ਤਾਂ ਤੁਹਾਨੂੰ ਬੇਨਤੀ ਆ ਵੀ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਤੁਸੀਂ ਪਹੁੰਚੋ। ਮਾਰਕੀਟ ਸਟਰੀਟ ਦੇ ਉੱਤੇ ਜੋ ਨਗਰ ਕੀਰਤਨ ਆ, 14ਵਾਂ ਨਗਰ ਕੀਰਤਨ ਜੋ ਇੱਥੇ ਚੱਲ ਰਿਹਾ ਹੈ ਲਗਾਤਾਰ, ਉਹ ਇੱਥੇ ਆਪਾਂ ਜਿਹੜਾ ਉਹ ਦੇਖ ਰਹੇ ਹਾਂ। ਸੋ ਇਸ ਦੀ ਕਵਰੇਜ ਜੇ ਤੁਸੀਂ ਲਗਾਤਾਰ ਦੇਖ ਰਹੇ ਹੋ ਪੰਜਾਬੀ ਰੇਡੀਓ USA ਅਤੇ TV 84 ਦੇ ਉੱਤੇ। ਸੋ ਆਪਾਂ ਤੁਹਾਡੇ ਨਾਲ ਅੱਗੇ ਜਿਹੜਾ ਉਹ ਵੱਧਦੇ ਚੱਲਦੇ ਹਾਂ, ਹੋਰ ਸੰਗਤਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਨਗਰ ਕੀਰਤਨ ਪਾਤਸ਼ਾਹੀ ਰੈਲੀ ਤੇ? ਬਹੁਤ ਸੁਭਾਗਾ ਭਰਿਆ ਦਿਨ ਹੈ ਅੱਜ। ਯਾਦ ਕਰ ਰਹੀ ਹੈ ਸਾਰੀ ਸੰਗਤ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਨੂੰ ਤੇ ਜਿੰਨੇ ਸਾਡੇ ਸਿੰਘ ਸ਼ਹੀਦ ਹੋਏ ਘੱਲੂਘਾਰਾ ਦਿਵਸ ਦੇ ਵਿੱਚ ਉੱਥੇ ਆਪਰੇਸ਼ਨ ਬਲੂ ਸਟਾਰ ਵਿੱਚ। ਆਲਮੋਸਟ ਸਾਰਿਆਂ ਦੀਆਂ ਅੱਖਾਂ ਨਮ ਨੇ, ਯਾਦ ਕਰ ਰਹੇ ਸ਼ਹੀਦਾਂ ਨੂੰ ਸਾਰਿਆਂ ਨੂੰ। ਔਰ ਉਹੋ ਹੀ ਸਾਰਾ ਜੋ ਕੁਝ ਉੱਥੇ ਕਾਂਡ ਕੀਤਾ ਉੱਥੇ ਦੀ ਗੌਰਮੈਂਟ ਨੇ, ਉਹ ਮੰਜ਼ਰ ਅੱਖਾਂ ਸਾਹਮਣੇ ਆਉਂਦਾ ਤੇ ਮਨ ਬਹੁਤ ਉਦਾਸ ਹੋ ਜਾਂਦਾ ਹੈ ਕਿ ਸਾਡੀ ਹੁਣ ਇੱਥੇ ਬੈਠਿਆਂ ਕੋਈ ਪੇਸ਼ ਨਹੀਂ ਚੱਲਦੀ, ਬਟ ਫਿਰ ਵੀ ਸਾਡਾ ਸੁਨੇਹਾ NOU ਤੱਕ ਜਾ ਰਿਹਾ ਹੈ ਤੇ ਉਹਦੇ ਵਿੱਚ ਆਉਣ ਵਾਲੇ ਟਾਈਮ 'ਚ ਸਾਡੇ ਤੋਂ ਉਮੀਦਾਂ ਕਰ ਰਹੀ ਹੈ ਸੰਗਤ, ਕਿਉਂਕਿ ਸਾਡੇ ਹੀ ਬੱਚੇ ਅੱਗੇ ਜਾ ਕੇ ਉੱਥੇ ਰਿਪਰੈਜ਼ੈਂਟ ਕਰ ਰਹੇ ਹੈ ਤੇ ਇਹ ਸੁਨੇਹਾ ਜਾਏਗਾ ਕਿ ਸਾਰਿਆਂ ਨੂੰ ਜਿਹੜਾ ਇੱਕੋ ਜਿਹੇ ਹੱਕ ਮਿਲਣੇ ਚਾਹੀਦੇ ਹੈ, ਹਿਊਮਨ ਰਾਈਟ ਹੋਣੇ ਚਾਹੀਦੇ ਜੇ ਉਹਦੇ ਤੇ ਪਹਿਰਾ ਦਿੱਤਾ ਜਾ ਰਿਹਾ ਹੈ, ਜਿਹੜਾ ਕਿ ਸਾਡੇ ਗੁਰੂ ਮਹਾਰਾਜ ਨੇ ਦਿੱਤਾ ਸੀ। ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦਿੱਤਾ ਸਿਰਫ ਉਹ ਮਾਨਵਤਾ ਲਈ। ਸੁਨੇਹਾ ਏਡਾ ਵੱਡਾ ਸੀ ਕਿ ਸਾਰੇ ਇੱਕੋ ਨੇ, ਸਾਰਿਆਂ ਨੂੰ ਹਾਂ ਸਮੁੱਚੀ ਮਾਨਵਤਾ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨੂੰ ਫੜ ਲਿਓ ਤੁਸੀਂ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜਸਪਾਲ ਸਿੰਘ ਜੀ? ਅੱਜ ਸ਼ਹੀਦਾਂ ਨੂੰ ਯਾਦ ਕਰਦੇ, 1984 ਦੇ ਸਾਰੇ ਸ਼ਹੀਦਾਂ ਨੂੰ ਯਾਦ ਕਰਦੇ ਅਸੀਂ ਸਾਰੇ ਇਕੱਠੇ ਹੋਏ ਹਾਂ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ। ਤੇ ਬਾਕੀ ਸੰਗਤ ਨੂੰ ਸਾਰੀ ਨੂੰ ਬੇਨਤੀ ਹੈ ਕਿ ਇੱਥੇ ਤੇ ਜ਼ਰੂਰ ਇਕੱਠੇ ਹੋਇਆ ਕਰੋ ਤਾਂ ਕਿ ਅਸੀਂ ਸ਼ਹੀਦਾਂ ਬਾਰੇ ਪੂਰੀ ਜਾਣਕਾਰੀ ਲੈ ਸਕੀਏ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਵਰੇਜ ਇਸੇ ਤਰੀਕੇ ਨਾਲ ਜਾਰੀ ਰਹੂਗੀ। ਪ੍ਰਬੰਧਕਾਂ ਦੀ ਬੇਨਤੀ ਵੀ ਆਪਾਂ ਤੁਹਾਨੂੰ ਜਿਹੜੇ ਨਾਲ ਦੱਸਦੇ ਜਾਂਦੇ ਆ ਵੀ ਉਹ ਸਾਰੇ ਬੇਨਤੀ ਕਰ ਰਹੇ ਵੀ ਸਾਈਡ ਵਾਕ ਨਾ ਵੱਲੋਂ ਜਿਹੜੇ ਗੁਰੂ ਸਾਹਿਬ ਦੀ ਸਵਾਰੀ ਆ ਉਸ ਦੇ ਪਿੱਛੇ ਸੰਗਤਾਂ ਜਿਹੜੀਆਂ ਆ ਉਹ ਚੱਲਣ ਤੇ ਉਹਨਾਂ ਤਾਂ ਜੋ ਅਗਲੀ ਵਾਰ ਪਰਮਿਟ ਲੈਣ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ।
ਹਾਂਜੀ ਵਾਹਿਗੁਰੂ ਜੀ। ਸੋ ਸੈਕਰਾਮੈਂਟੋ ਤੋਂ ਵੀ ਕਈ ਸੰਗਤਾਂ ਜਿਹੜੀਆਂ ਆ ਉਹ ਪਹੁੰਚੀਆਂ ਹੋਈਆਂ ਆ ਤੇ ਆਪਣੇ ਨਾਲ ਕਮਿਸ਼ਨਰ ਵੀ ਜਿਹੜੇ ਹਨ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਨਾਮ ਹੈ ਜੀ ਤੇ ਕਿਹੜੀ ਜਗ੍ਹਾ ਤੋਂ ਆਏ ਹੋ? ਆਪਾਂ ਪਰਮਜੀਤ ਨਾਮ ਹੈ ਮੇਰੇ, ਸੈਕਰਾਮੈਂਟੋ ਤੋਂ ਆਏ ਆ ਜੀ। ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਪਾਤਸ਼ਾਹੀ ਰੈਲੀ ਨੂੰ ਲੈ ਕੇ? ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਭਾਈ ਰਜਕਰਮੀਰ ਦਾ, ਜਿਨ੍ਹਾਂ ਨੇ ਜਾਂ ਕੋਈ ਵੀ ਪ੍ਰੋਗਰਾਮ ਹੋਵੇ, ਸਾਡਾ ਮਾਰਗਦਰਸ਼ਕ ਹੋਵੇ, ਗੁਰੂ ਧਾਰਮਿਕ ਹੋਵੇ, ਸਭ ਤੋਂ ਪਹਿਲਾਂ ਪਹੁੰਚ ਕੇ ਦੇਸ਼ ਵਿਦੇਸ਼ ਸਭ ਦੇ ਲੋਕਾਂ ਨੂੰ ਦੱਸਦੇ ਨੇ, ਪ੍ਰੇਰਿਤ ਕਰਦੇ ਨੇ ਤੇ ਹਰ ਥਾਂ ਤੇ ਪਹੁੰਚਦੇ ਨੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਦੂਜੀ ਗੱਲ ਇਹ ਵੇ ਕਿ ਜਿਹੜਾ ਅੱਜ ਦਾ ਦਿਨ ਹੈ ਇਹ ਸਾਡੇ ਸਿੱਖਾਂ ਲਈ ਇੱਕ ਕਾਲਾ ਦਿਨ ਹੈ, ਜੋ ਕਿ ਸਰਕਾਰ ਦੀਆਂ ਜਿਹੜੀ ਨੀਤੀਆਂ ਹਨ ਉਹਨਾਂ ਦੇ ਮੁਤਾਬਿਕ ਸਭ ਕੁਝ ਹੈ ਵੇ। ਜਦੋਂ 6 ਜੂਨ ਦਾ ਦਿਨ ਘੱਲੂਘਾਰਾ ਹੁੰਦਾ ਹੈ, ਜਿੰਨੀਆਂ ਕੁਰਬਾਨੀਆਂ ਨੇ ਸਭ ਤੋਂ ਵੱਧ ਸਿੱਖਾਂ ਦੀਆਂ ਨੇ। ਜਿਹੜੀ ਉਸ ਮੌਕੇ ਸਰਕਾਰ ਸੀ ਸੋਨੀਆ ਰਾਜੀਵ ਗਾਂਧੀ, ਜਿਹੜਾ ਉਹ ਨਹਿਰੂ ਸੀ, ਉਹਨਾਂ ਨੇ ਸਿੱਖਾਂ ਨੂੰ ਪਹਿਲਾਂ ਇਹ ਸ਼ੋਸ਼ਣ ਦਵਾਇਆ ਹੈ ਕਿ ਤੁਹਾਨੂੰ ਤੁਹਾਡਾ ਖਾਲਿਸਤਾਨ ਦਾ ਰਾਜ ਮਿਲੇਗਾ। ਪਰ ਜਿਹੜੀ ਕੁਰਬਾਨੀਆਂ ਹਨ ਉਹ ਹਿੰਦੂਆਂ ਦੀਆਂ ਸਿਰਫ 3% ਨੇ ਤੇ ਸਿੱਖਾਂ ਦੀਆਂ 97% ਕੁਰਬਾਨੀਆਂ ਨੇ। ਪਰ ਉਹਨਾਂ ਦੀ ਮਾੜੀ ਨੀਤੀਆਂ ਕਰਕੇ ਉਹਨਾਂ ਨੇ ਆਪਣੇ ਧੋਖੇ ਦੇ ਨਾਲ ਸਾਡੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ, ਜਿਨ੍ਹਾਂ 'ਚ ਆਪਾਂ ਸਿੱਖਾਂ ਦੇ ਸਭ ਤੋਂ ਇਕਾਦਤ ਸਥਾਨ ਦੇ ਉੱਤੇ ਹਮਲਾ ਕੀਤਾ ਜੀ। ਸੋ ਸਾਡੇ ਸੰਤ ਭਿੰਡਰਾ ਸਾਹਿਬ ਵਾਲਿਆਂ ਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਉਹਨਾਂ ਨੂੰ ਪਹਿਲਾਂ ਆਤੰਕਵਾਦੀ ਕਰਤਾ, ਜਿਨ੍ਹਾਂ ਦੇ ਕੋਈ ਕੇਸ ਨਹੀਂ, ਜਿਨ੍ਹਾਂ ਦੇ ਕੋਈ ਪਰਚਾ ਨਹੀਂ, ਅਜੇ ਤੱਕ ਵੀ ਕੁਝ ਨਹੀਂ ਹੋਇਆ। ਕੋਈ ਇਹੋ ਜਿਹਾ ਮੁਕੱਦਮਾ ਨਹੀਂ ਉਹਨਾਂ ਦਾ ਹੋਇਆ ਜਿਹੜੇ ਕਿ ਉਹ ਕਿਸੇ ਪਾਸਿਓਂ ਐਲਾਨੇ ਜਾਣ। ਪਰ ਉਹ ਹਿੰਦੂਆਂ ਦੀ ਇੱਕ ਪ੍ਰੋਪੋਗੰਡਾ ਸੀਗਾ। ਹਾਂਜੀ, ਉਹਨਾਂ ਕਰਕੇ। ਤੇ ਬਾਕੀ ਤੁਹਾਡਾ ਭਾਈ ਰਾਜਕਰਨ ਜੀ ਦਾ ਬਹੁਤ ਬਹੁਤ ਫਿਰ ਵੀ ਮੈਂ ਸ਼ੁਕਰਾਨਾ ਕਰਨਾ ਵਾ, ਜਿਹੜੇ ਹਰ ਪਾਸੇ ਪਹੁੰਚਦੇ ਨੇ ਤੇ ਸਾਡਾ ਕਵਰੇਜ ਕਰਦੇ ਨੇ। ਬਹੁਤ ਬਹੁਤ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ। ਬਹੁਤ ਧੰਨਵਾਦ ਜੀ। ਸੋ ਕਵਰੇਜ ਤੁਸੀਂ ਲਗਾਤਾਰ ਜਿਹੜੀ ਉਹ ਦੇਖ ਰਹੇ ਆ ਨਗਰ ਕੀਰਤਨ ਦੀ। ਨਗਰ ਕੀਰਤਨ ਜੋ ਮਾਰਕੀਟ ਸਟਰੀਟ ਤੋਂ ਇਸ ਟਾਈਮ ਲੰਘ ਰਿਹਾ ਆ, ਪਾਤਸ਼ਾਹੀ ਰੈਲੀ, ਸੋਲਨਟੀ ਰੈਲੀ, ਫਰੀडम ਮਾਰਚ ਜੋ ਇੱਥੇ ਇਸ ਟਾਈਮ ਜਿਹੜੀ ਚੱਲ ਰਹੀ ਆ, ਆਪਾਂ ਦੇਖ ਰਹੇ ਆ ਵੀ ਦੂਰੋਂ ਨੇੜੋਂ ਜਿਹੜੀਆਂ ਸੰਗਤਾਂ ਆ ਰਹੀਆਂ ਆ, ਜਦ ਰਸਤੇ ਦੇ ਵਿੱਚ ਵੀ ਜਿਹੜੇ ਉਹ ਮਿਲ ਰਹੇ ਆ ਤੇ ਉਹ ਆ ਕੇ ਜਿਹੜੇ ਉਹ ਦਰਸ਼ਨ ਕਰ ਰਹੇ ਨੇ ਤੇ ਉਹ ਮੱਥਾ ਜਿਹੜਾ ਉਹ ਟੇਕ ਰਹੇ ਨੇ। ਸੋ ਆਓ ਤੁਹਾਨੂੰ ਹੋਰ ਵੀ ਜਿਹੜੀ ਅਗਲੀ ਕਵਰੇਜ ਆ ਉਹਦੇ ਨਾਲ ਤੁਹਾਨੂੰ ਜੋੜੀ ਰੱਖਾਂਗੇ। ਹਰਜੋਤ ਸਿੰਘ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਧ ਸੰਗਤ ਜੀ, ਆਪਾਂ ਇਸ ਵੇਲੇ ਨਗਰ ਕੀਰਤਨ ਜਿਹੜਾ ਆ ਉਹਦੇ ਵਿੱਚ ਹਾਜ਼ਰ ਹੈਗੇ ਆ, ਸ਼ਹੀਦਾਂ ਨੂੰ ਸਮਰਪਿਤ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ। ਬੜੇ ਹੀ ਧਿਆਨ ਦੇ ਨਾਲ, ਬੜੇ ਹੀ ਆਪਾਂ ਕਹਿ ਸਕਦੇ ਹਾਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਜਿਹੜੀਆਂ ਸੰਗਤਾਂ ਆ ਉਹ ਸ਼ਹੀਦਾਂ ਨੂੰ ਯਾਦ ਕਰ ਰਹੀਆਂ ਹੈਗੀਆਂ। ਸੋ ਜਿਹੜੀਆਂ ਸੰਗਤਾਂ ਇੱਥੇ ਕਰ ਰਹੀਆਂ ਹੈਗੀਆਂ ਉਹਨਾਂ ਦਾ ਵੀ ਧੰਨਵਾਦ, ਜਿਹੜੇ ਘਰਾਂ 'ਚ ਬੈਠੇ ਦੇਖ ਰਹੇ ਸੁਣ ਰਹੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਕਵਰੇਜ ਇਦਾਂ ਲਗਾਤਾਰ ਆਪਾਂ ਤੁਹਾਡੇ ਲਈ ਪੇਸ਼ ਜਿਹੜੀ ਉਹ ਕਰਦੇ ਜਿਹੜੇ ਉਹ ਚੱਲਾਂਗੇ। ਸੋ ਜਸਵਿੰਦਰ ਸਿੰਘ ਜੀ ਆਪਣੇ ਨਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਧਰ ਹੀ ਆ ਹਾਂਜੀ ਜੀ। ਨਗਰ ਕੀਰਤਨ ਦੇ ਉੱਤੇ ਪਾਤਸ਼ਾਹੀ ਰੈਲੀ ਦੇ ਉੱਤੇ ਤੁਸੀਂ ਪਹੁੰਚੇ ਆ, ਕਿਵੇਂ ਮਹਿਸੂਸ ਹੋ ਰਿਹਾ ਆ? ਬਹੁਤ ਵਧੀਆ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਨ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਨ ਫਰਾਂਸਿਸਕੋ ਦੀ ਧਰਤੀ ਤੇ ਇਹ ਨਗਰ ਕੀਰਤਨ ਕੱਢਿਆ ਜਾਂਦਾ। ਗੁਰੂ ਕਿਰਪਾ ਕਰੇ, ਸ਼ਹੀਦਾਂ ਨੂੰ ਯਾਦ ਕਰਦੀ ਆ ਕੌਮ। ਬਹੁਤ ਜ਼ੁਲਮ ਹੋਇਆ ਸਿੱਖ ਕੌਮ ਤੇ 84 'ਚ ਵੀ। ਉੱਥੇ ਬੀਬੀਆਂ, ਬੱਚੇ ਮੀਂਹ ਵਾਂਗਰਾਂ ਗੋਲੀਆਂ ਵਰਦੀਆਂ ਸੀ। ਕਈ ਸੂਰਮੇ ਸਿੰਘ ਸਰਦਾਰ ਮਰ ਗਏ। ਸੁਬਾਹ 3:40 ਤੇ ਹੋਇਆ ਹਮਲਾ। ਕਈ ਸੁਣਦੇ ਆਸਾ ਦੀ ਵਾਰ ਮਰ ਗਏ। ਮਰੀਆਂ ਬੀਬੀਆਂ, ਬੱਚੇ ਤੇ ਬਿਰਧ ਬਾਬੇ। ਸੇਵਾ ਕਰਦਿਆਂ ਕਈ ਸੇਵਾਦਾਰ ਮਰ ਗਏ। ਅਕਾਲ ਤਖਤ ਦੇ ਪਿੱਛੇ ਸੀ ਜੋ ਰਹਿਣ ਵਾਲੇ, ਕਈ ਸਾਰੇ ਦੇ ਸਾਰੇ ਪਰਿਵਾਰ ਮਰ ਗਏ। ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅੱਜ ਸਨ ਫਰਾਂਸਿਸਕੋ ਦੀ ਧਰਤੀ ਤੇ ਇਹ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਬਹੁਤ ਸੰਗਤ ਆਈ ਹੈ, ਰੋਸ ਵਜੋਂ ਵੀ ਆਈ ਹੈ ਕਿ ਸਿੱਖ ਕੌਮ ਤੇ ਬਹੁਤ ਭਾਰੀ ਜ਼ੁਲਮ ਹੋਇਆ। ਸ਼ਹੀਦਾਂ ਦੇ ਸਰਤਾਜ ਧਿਆਵਾਂ ਪੰਜਵੇਂ ਸਤਿਗੁਰ ਅਰਜਨ, ਤਤੀ ਤਵੀ ਤੇ ਲਾ ਸਮਾਧੀ, ਲੱਗੇ ਜ਼ੁਲਮ ਨੂੰ ਵਰਜਣ। ਮਰਦ ਅਕਾਲੀ ਸੰਤ ਸਿਪਾਹੀ ਬਣ ਗਏ ਧਰਮ ਪੁਜਾਰੀ। ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਨ ਧਰਮ ਤੋਂ ਵਾਰੀ। ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ। ਅੱਜ ਸ਼ਹੀਦਾਂ ਦੀ ਯਾਦ ਵਿੱਚ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾਲ ਖੋਪਰ ਲੈਂਦੇ ਜਾ, ਤਸਵੀਰ ਬਦਲਦੀ ਕੌਮਾਂ ਦੀ। ਦੇਗਾਂ ਵਿੱਚ ਉਬਲੇ ਕੋਈ, ਸ਼ਾਂਤੀ ਦੇ ਸੋਮੇ ਵਗ ਪੈਂਦੇ। ਜਦ ਚਰਬੀ ਟਲੇ ਸ਼ਹੀਦਾਂ ਦੀ, ਆਸਾਂ ਦੇ ਦੀਵੇ ਜਗ ਪੈਂਦੇ।
ਜਾਂ ਟੁੱਟਦੇ ਤਾਰੇ ਅੱਖੀਆਂ ਦੇ ਰੂਹਾਂ ਵਿੱਚ ਚਾਨਣ ਹੋ ਜਾਵੇ, ਜਦ ਉਸਰੇ ਕੰਧ ਮਾਸੂਮਾਂ ਦੀ ਢੱਠੀ ਹੋਈ ਕੌਮ ਖਲੋ ਜਾਵੇ, ਢੱਠੀ ਹੋਈ ਕੌਮ ਖਲੋ ਜਾਵੇ। ਸਿੱਖ ਕੌਮ ਤੇ ਜਿੰਨਾ ਜ਼ਾਲਮ ਸਰਕਾਰਾਂ ਨੇ ਜ਼ੁਲਮ ਕੀਤਾ, ਓਨੀ ਸਿੱਖ ਕੌਮ ਪ੍ਰਫੁੱਲਤ ਹੋਈ ਆ। ਸ਼ਹੀਦੀਆਂ ਬਹੁਤ ਹੋਈਆਂ ਨੇ, ਲੱਭਣ ਦੀ ਕੋਸ਼ਿਸ਼ ਕੀਤੀ ਆ, ਉਦਾਂ ਹੀ ਜ਼ਿਆਦਾ ਵੱਧ ਕੇ ਜਿਹੜਾ ਉਹਨਾਂ ਹੀ ਜ਼ਿਆਦਾ, ਉਹਨਾਂ ਹੀ ਗੁਰੂ ਦੀ ਕਿਰਪਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ, ਸ਼ਹੀਦਾਂ ਦੇ ਸਰਤਾਜ, ਉਹਨਾਂ ਦੀ ਬਹੁਤ ਵੱਡੀ ਕਿਰਪਾ ਆ, ਦੇਣ ਆ, ਸ਼ਹੀਦੀ ਦਾ ਮਾਰਗ ਦੱਸਿਆ। ਅੱਜ ਉਹ ਸ਼ਹੀਦਾਂ ਦੀ ਯਾਦ ਵਿੱਚ ਸਾਰੀ ਸੰਗਤ ਗੁਰੂ ਨਾਨਕ ਨਾਮ ਸਿੱਖ ਲੇਵਾ ਸਾਰੇ ਮਨਾਉਂਦੇ ਨੇ ਹਰ ਸਾਲ ਦੀ ਤਰ੍ਹਾਂ। ਬਾਕੀ USA ਪੰਜਾਬੀ ਰੇਡੀਓ ਆਪਣੇ ਭਾਜੀ ਹਰਜੋਤ ਸਿੰਘ ਤੇ ਰਾਜ ਕਰਨਵੀਰ ਸਿੰਘ, ਤੁਹਾਡਾ ਬਹੁਤ ਵੱਡਾ ਯੋਗਦਾਨ ਹੈ, ਜਿਹੜਾ ਤੁਸੀਂ ਕੌਮ ਦੀ ਆਵਾਜ਼ ਹਰ ਥਾਂ ਜਾ ਕੇ ਉਠਾਉਂਦੇ ਹੋ। ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਇਹਨਾਂ ਸ਼ਬਦਾਂ ਦੇ ਨਾਲ ਸ਼ਹੀਦਾਂ ਦੀ ਯਾਦ ਵਿੱਚ ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਕਵੀਸ਼ਰ ਜਸਵਿੰਦਰ ਸਿੰਘ ਉੱਪਲ ਜੀ, ਉਹਨਾਂ ਨੇ ਨਾ ਆਪਾਂ ਜਿਹੜੀ ਉਹ ਗੱਲਬਾਤ ਜਿਹੜੀ ਉਹ ਕੀਤੀ। ਆਓ ਆਪਾਂ ਜਿਹੜੇ ਹੋਰ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਦੇ ਹਾਂ। ਗੁਰਦੁਆਰਾ ਸਾਹਿਬ ਮਲਪੀਟਸ ਤੋਂ ਆਪਣੇ ਨਾਲ ਸੰਤ ਸਿੰਘ ਹੋਠੀ ਜੀ ਜੁੜੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA TV 84 ਵਾਲੇ ਸਮੂਹ ਸਟਾਫ ਦਾ ਬਹੁਤ-ਬਹੁਤ ਧੰਨਵਾਦ। ਅੱਜ ਆਪਾਂ ਸਾਰੇ ਹੀ ਕੈਲੀਫੋਰਨੀਆ ਦੇ ਬਹੁਤ ਹੀ ਮਸ਼ਹੂਰ ਸ਼ਹਿਰ ਸੈਨ ਫਰਾਂਸਿਸਕੋ ਵਿਖੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਅਤੇ 1984 ਦੇ ਵਿੱਚ ਹੋਏ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਕੈਲੀਫੋਰਨੀਆ ਦੇ ਸਮੁੱਚੇ ਗੁਰਦੁਆਰਾ ਸਾਹਿਬਾਨਾਂ ਅਤੇ ਪੰਥਕ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਸਿੰਘਾਂ ਦੀ ਅਗਵਾਈ ਦੇ ਵਿੱਚ ਜੋ ਨਗਰ ਕੀਰਤਨ ਫਰੀडम ਮਾਰਚ ਹੋ ਰਿਹਾ, ਸੰਗਤ ਜੀ ਅੱਜ ਲੋੜ ਹੈ ਕਿ ਆਪਣੇ ਹੋਏ ਸ਼ਹੀਦਾਂ ਨੂੰ ਯਾਦ ਕਰੀਏ ਜੋ 1984 ਦੇ ਵਿੱਚ ਸਿੱਖ ਕੌਮ ਦੇ ਨਾਲ ਹੋਇਆ। ਸੋ ਆਓ ਸਮੇਤ ਪਰਿਵਾਰਾਂ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਮਲਪੀਟਸ ਤੋਂ ਸੰਤ ਸਿੰਘ ਹੋਠੀ ਜੀ। ਹੁਣ ਆਪਣੇ ਨਾਲ ਗੁਰਦੁਆਰਾ ਸਾਹਿਬ ਫਰੀਮੰਟ ਤੋਂ ਸਰਦਾਰ ਜਸਵਿੰਦਰ ਸਿੰਘ ਜੰਡੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਸੈਨ ਫਰਾਂਸਿਸਕੋ ਦੀ ਧਰਤੀ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਅਤੇ 1984 ਦੇ ਤੀਜੇ ਘੱਲੂਘਾਰੇ ਦੇ ਸ਼ਹੀਦ ਸਿੰਘਾਂ ਨੂੰ ਜੋ ਜੂਨ 1984 ਵਿੱਚ ਹੋਏ, ਉਹਨਾਂ ਨੂੰ ਯਾਦ ਕਰ ਰਹੇ ਹਾਂ। ਤੇ ਇਹ 14ਵਾਂ ਨਗਰ ਕੀਰਤਨ ਪਾਤਸ਼ਾਹੀ ਰੈਲੀ ਹੈ ਤੇ ਬੜੇ ਉਤਸ਼ਾਹ ਦੇ ਨਾਲ ਸਿੱਖ ਕੌਮ ਅੱਜ ਇੱਥੇ ਇਕੱਠੀ ਹੋਈ ਆ। ਇਹ ਸੈਨ ਫਰਾਂਸਿਸਕੋ ਸ਼ਹਿਰ ਇੱਕ ਕੈਲੀਫੋਰਨੀਆ ਦਾ ਬਲਕਿ ਅਮਰੀਕਾ ਦਾ ਇੱਕ ਬਹੁਤ ਸੁੰਦਰ ਸ਼ਹਿਰ ਵਾ ਤੇ ਸਮੁੰਦਰ ਦੇ ਬਿਲਕੁਲ ਕਿਨਾਰੇ ਤੇ ਆ। ਅੱਜ ਸ਼ਹੀਦ ਸਿੰਘਾਂ ਦਾ ਇੱਥੇ ਪਹਿਰਾ, ਸ਼ਹੀਦ ਸਿੰਘ ਆਪ ਖੁਦ ਇੱਥੇ ਵਰਤਾ ਰਹੇ ਨੇ। ਤੇ ਮੈਂ ਇੱਕ ਘਟਨਾ ਉਸ ਟਾਈਮ ਦੀ 1984 ਦੀ, ਮੈਂ ਉਸ ਮਹਾਬਲੀ ਸਿੱਖ ਸੂਰਮੇ ਯੋਧੇ ਭਾਈ ਜਨਰਲ ਸਵੇਗ ਸਿੰਘ ਦੀ ਗੱਲ ਦੱਸਣੀ ਆ। ਤੇ ਜਦੋਂ ਸੰਤ ਜੀ ਕਹਿਣ ਲੱਗੇ, ਕਹਿੰਦੇ ਸਵੇਗ ਸਿੰਘ ਜੀ ਕਿ ਜੋ ਫੌਜ ਆ ਪਰਕਰਮਾਂ ਵਿੱਚ ਆ ਗਈ ਆ। ਤੇ ਜਨਰਲ ਸਵੇਗ ਸਿੰਘ ਜੀ ਨੇ ਸੰਤ ਜੀ ਨੂੰ ਗੱਲ ਕਹੀ ਕਿ ਸੰਤ ਜੀ ਕੋਈ ਗੱਲ ਨਹੀਂ, ਸਾਡੇ ਵੱਡੇ ਵਡੇਰਿਆਂ ਨੇ ਜੋ ਮੱਥਾ ਰੰਗੜ ਇੱਥੇ ਸੀ ਉਸ ਦਾ ਸਿਰ ਵੱਢ ਕੇ ਲੈ ਗਏ ਸੀ ਤੇ ਮੈਂ ਮੇਰੀਆਂ ਰਗਾਂ ਵਿੱਚ ਉਹਨਾਂ ਦਾ ਖੂਨ ਆ। ਭਾਈ ਜਨਰਲ ਜੋ ਮਹਿਤਾਬ ਸਿੰਘ ਜੋ ਭੰਗੂ ਸੀ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਕਹਿੰਦਾ ਸੰਤ ਜੀ ਕੋਈ ਨਹੀਂ, ਆ ਗਏ ਆ ਇਹ ਇਹੋ ਜਿਹੇ ਧੜਾਂ ਤੋਂ ਪੈਰ ਇਹਨਾਂ ਦੇ ਮੈਂ ਵੱਢ ਕੇ ਵੱਖਰੇ ਕਰੂੰਗਾ, ਇੱਕ ਵੀ ਖਾਲੀ ਨਹੀਂ ਜਾਣ ਦਊਂਗਾ। ਤੇ ਉਹ ਸੂਰਮੇ ਨੇ ਕਰਕੇ ਵਿਖਾਇਆ। ਤੇ 1984 ਦੇ ਮੈਂ ਉੱਥੇ ਇੱਕ ਗੋਰੀ ਫੋਟੋ ਖਿੱਚਦੀ ਸੀ, ਮੈਂ ਕਿਹਾ ਉੱਪਰ ਨੂੰ ਇੱਕ ਨਿਗਾਹ ਮਾਰ, ਜਿੱਥੇ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਤੇ ਜਰਨਲ ਸਵੇਗ ਸਿੰਘ ਦੀ, ਬਾਬਾ ਠਾਰਾ ਸਿੰਘ ਦੀ ਫੋਟੋ ਸੀ। ਮੈਂ ਕਿਹਾ ਮਹਾਬਲੀ ਯੋਧੇ ਜਿਨ੍ਹਾਂ ਨੇ ਹਿੰਦੁਸਤਾਨ ਦੀ ਸੁਪਰ ਪਾਵਰ ਜਿਹੜੀ ਸਾਰੇ ਏਸ਼ੀਆ ਦੇ ਨੰਬਰ 1 ਨੰਬਰ 2, ਉਹਨਾਂ ਨੂੰ 6 ਦਿਨ ਲਾਗੇ ਨਹੀਂ ਆਉਣ ਦਿੱਤਾ ਸੀਗਾ। ਇਹ ਉਹ ਮਹਾਬਲੀ ਯੋਧੇ ਆ ਜਿਨ੍ਹਾਂ 'ਚ ਸ਼ਹੀਦ ਸਿੰਘਾਂ ਦੀਆਂ ਰੂਹਾਂ
ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀਆਂ ਤੇ ਇਹਨਾਂ ਨੇ ਇੱਕ ਇਤਿਹਾਸ ਪੈਦਾ ਕਰ ਦਿੱਤਾ। ਅੱਜ ਉਹਨਾਂ ਨੂੰ ਅਸੀਂ ਯਾਦ ਕਰਨਾ ਤੇ ਸ਼ਹੀਦ ਸਿੰਘਾਂ ਨੂੰ ਜਦੋਂ ਤੁਸੀਂ ਯਾਦ ਕਰਦੇ ਆ ਤਾਂ ਮਹਾਰਾਜ ਬਹੁਤ ਉਹ ਸ਼ਹੀਦ ਸਿੰਘ ਮਿਹਰਬਾਨ ਹੁੰਦੇ ਆ। ਮੈਂ ਧੰਨਵਾਦ ਕਰਦਾ ਪੰਜਾਬੀ ਰੇਡੀਓ USA ਦੀ ਸਮੁੱਚੀ ਟੀਮ ਦਾ, ਕਰਨਵੀਰ ਸਿੰਘ ਜੀ, ਭਾਈ ਹਰਜੋਤ ਸਿੰਘ ਜੀ ਖਾਲਸਾ, ਪ੍ਰਵੀਨ ਜੀ, ਤੁਹਾਡੀ ਸਾਰੀ ਟੀਮ। ਤੁਸੀਂ ਹਰ ਸਿੱਖ ਫੰਕਸ਼ਨ ਤੇ, ਭਾਵੇਂ ਉਹ ਨਗਰ ਕੀਰਤਨ ਹੋਵੇ, ਚਾਹੇ ਉਹ ਕੋਈ ਵਾਈਟ ਹਾਊਸ ਜਾਂ ਕਿਤੇ ਕੈਪੀਟਲ ਹੋਵੇ, ਤੁਸੀਂ ਉੱਥੇ ਪਹੁੰਚਦੇ ਆ ਤੇ ਸਿੱਖ ਕੌਮ ਦੇ ਹਰ ਮੁੱਦੇ ਨੂੰ ਅੱਗੇ ਲੈ ਕੇ ਆਉਂਦੇ ਆ, ਲੋਕਾਂ ਤਾਈਂ ਪਹੁੰਚਾਉਂਦੇ ਆ। ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ, ਤੁਹਾਡੀ ਟੀਮ ਦਾ ਧੰਨਵਾਦ ਕਰਦਾ, ਸੇਵਾਦਾਰਾਂ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਰਾਤ ਦਿਨ ਇੱਕ ਕਰਕੇ ਇਹ ਪ੍ਰੋਗਰਾਮ ਨੂੰ ਜਿਹੜਾ ਇਸ ਨੇਪਰੇ ਚੜਾਉਣ ਦੀ ਕੋਸ਼ਿਸ਼ ਕੀਤੀ। ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਾਹੀਂ, ਇਹ ਕਰਨੇ ਦਾ ਮਕਸਦ ਸਾਡਾ ਨੌਜਵਾਨ ਪੀੜ੍ਹੀ ਅਤੇ ਦੁਨੀਆ ਨੂੰ ਪਤਾ ਲੱਗੇ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਭੁੱਲੇ ਨਹੀਂ, ਯਾਦ ਕਰਦੇ ਆ, ਜਿਨ੍ਹਾਂ ਨੇ ਹੱਸ ਕੇ ਕੁਰਬਾਨੀਆਂ ਕੀਤੀਆਂ। ਤੇ ਅੱਜ ਉੱਥੇ ਬਹੁਤ ਸਾਰੇ ਮਹਾਨ ਸ਼ਹੀਦਾਂ ਦੇ ਪਰਿਵਾਰ ਆ ਰਹੇ ਜਿਨ੍ਹਾਂ ਨੂੰ ਸਤਿਕਾਰ ਕਰਨਾ। ਸੈਕੰਡ ਸਟਰੀਟ ਤੋਂ ਅਸੀਂ ਤੁਰੇ ਆ, ਹੁਣ ਅਸੀਂ ਸਵਿਸ ਸੈਂਟਰ ਜਾ ਕੇ ਉੱਥੇ ਸਮਾਪਤੀ ਕਰਨੀ ਆ ਤੇ ਹਰੇਕ ਸਾਲ ਦੀ ਤਰ੍ਹਾਂ ਉੱਥੇ ਦੀਵਾਨ ਲੱਗਣਾ, ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸਾਡੇ ਪਾਸ ਬੁਲਾਰੇ ਆਏ ਹੋਏ ਆ, ਜਿਨ੍ਹਾਂ ਵਿੱਚ ਐਡਵੋਕੇਟ ਪ੍ਰਭਜੋਤ ਸਿੰਘ ਜੀ ਟੋਰਾਂਟੋ ਦੀ ਧਰਤੀ ਤੋਂ, ਜਿਨ੍ਹਾਂ ਨੇ ਕਿਤੇ ਟਰੂਡੋ ਨੂੰ ਸਵਾਲ ਜਵਾਬ ਕੀਤੇ ਸੀ, ਜੰਗ ਮੁੰਡਾ ਅਤੇ ਵਕੀਲ ਇੱਥੇ ਬੀਬੀਆਂ ਸਾਡੀਆਂ। ਬੜੀ ਵੱਡੀ ਗੱਲ ਹੈ ਕਿ 3 ਬੁਲਾਰੇ ਜਿਹੜੇ 6 ਚੋਂ 3 ਬੀਬੀਆਂ ਆ, ਯੰਗ ਜਨਰੇਸ਼ਨ ਸਾਡੀ ਤੇ ਪੂਰੇ ਵੈਲ ਐਜੂਕੇਟਡ। ਅਸੀਂ ਬੜੇ ਖੁਸ਼ ਹਾਂ ਇਸ ਗੱਲ ਤੋਂ ਕਿ ਸਾਡੇ ਨਵੀਂ ਪੀੜ੍ਹੀ ਹੁਣ ਅੱਗੇ ਆ ਰਹੀ ਹੈ, ਅੱਗੇ ਪੀੜ੍ਹੀ ਅੱਗੇ ਆ ਰਹੀ ਆ। ਸਾਡੇ ਅਸੀਂ 올ਡ ਹੋ ਗਏ ਆ, ਪਰ ਅਸੀਂ ਇਹਨਾਂ ਦੀ ਬੈਕਬੋਨ ਆ, ਅਸੀਂ ਇਹਨਾਂ ਨੂੰ ਪੂਰੀ ਸਮਰਥਨ ਕਰਾਂਗੇ। ਤੇ ਅਸੀਂ ਫਿਰ ਇੱਕ ਵਾਰ ਉਹ ਜਿਹੜੇ ਬੁਲਾਰੇ ਆਏ ਆ ਉਹਨਾਂ ਦੇ ਵਿੱਚੋਂ ਬਹੁਤ ਵਧੀਆ ਬੁਲਾਰੇ ਆ, ਸੰਗਤ ਜੀ ਸਾਰੇ ਉੱਥੇ ਸੁਣੋ ਉਹਨਾਂ ਦੇ ਵਿਚਾਰ ਤੇ ਆਉਣ ਵਾਲਾ ਸਮਾਂ ਜਿਹੜਾ ਵਚਨ ਬੰਦ ਹੋ, ਇਕਜੁੱਟ ਹੋ ਕੇ ਆਪਣੇ ਉਹਨਾਂ ਸ਼ਹੀਦਾਂ ਦਾ ਸੁਪਨਾ ਸਵੀਕਾਰ ਕਰੀਏ, ਆਪਣਾ ਰਾਜ ਭਾਗ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਵਰੇਜ ਆਪਾਂ ਲਗਾਤਾਰ ਤੁਹਾਡੇ ਲਈ ਜਿਹੜਾ ਉਹ ਪੇਸ਼ ਕਰ ਰਹੇ ਹਾਂ, ਜਿੱਥੇ ਕਿ ਆਪਾਂ ਇਸ ਮੌਕੇ ਮਾਰਕੀਟ ਸਟਰੀਟ ਤੋਂ ਜਿਹੜਾ ਉਹ ਚੱਲ ਰਹੇ ਹਾਂ ਤੇ ਉਹਦੇ ਨਾਲ ਨਾਲ ਜਿਹੜੀ ਸੰਗਤ ਆ, ਤੁਸੀਂ ਦੇਖ ਸਕਦੇ ਵੀ ਠਾਠਾ ਮਾਰਦਾ ਜਿਹੜਾ ਇਕੱਠ ਆ ਸੰਗਤ ਦਾ, ਉਹ ਇਸ ਟਾਈਮ ਇੱਥੇ ਜਿਹੜਾ ਉਹ ਦੇਖਿਆ ਜਿਹੜਾ ਉਹ ਜਾ ਰਿਹਾ। सवालात से एक लगाओ अबे गुरु सिद्धांत सवालात से एक लगाओ अबे गुरु सिद्धांत इतना ठीक है। ਸੋ ਲਗਾਤਾਰ ਕਵਰੇਜ ਜਿਹੜੀ ਆ ਉਹ ਤੁਸੀਂ ਦੇਖ ਰਹੇ ਹੋ ਪੰਜਾਬੀ ਰੇਡੀਓ USA ਦੇ ਉੱਤੇ TV 84 ਦੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ ਜੀ? ਕਿਵੇਂ ਨਗਰ ਕੀਰਤਨ ਆਰੰਭ ਹੋ ਚੁੱਕਾ ਆ, ਕਿਵੇਂ ਲੱਗ ਰਿਹਾ ਹੈ ਇਸ ਟਾਈਮ? ਬਹੁਤ ਚੜ੍ਹਦੀ ਕਲਾ ਜੀ। ਮਹਾਰਾਜ ਸਤਿਗੁਰ ਨੇ ਬਹੁਤ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਜੋ ਇੰਨੀ ਵੱਡੀ ਗਿਣਤੀ ਦੇ ਵਿੱਚ ਜਿੰਨੇ ਪ੍ਰਬੰਧਕਾਂ ਨੇ ਇਹ ਪ੍ਰਬੰਧ ਕੀਤੇ ਸੀ, ਪਿਛਲੇ ਕਰੀਬਨ ਇੰਨੇ ਸਮੇਂ ਤੋਂ ਲੱਗੇ ਹੋਏ ਸੀ, ਉਹਦੇ ਵਿੱਚ ਸੰਗਤ ਵੱਲ ਦੇਖ ਕੇ ਦਿਲ ਖੁਸ਼ ਹੋਇਆ ਕਿ ਇੰਨੀ ਵੱਡੀ ਗਿਣਤੀ ਵਿੱਚ ਜਿਹੜੀ ਸੰਗਤ ਸਨ ਫਰਾਂਸਿਸਕੋ ਵਿਖੇ ਅੱਜ ਪਹੁੰਚੀ ਹੈ। ਤੇ ਬਹੁਤ ਜ਼ਿਆਦਾ ਸੰਗਤ ਜਿਹੜੀ ਆ ਉਹ ਆਲਰੇਡੀ ਸਿਵਿਕ ਸੈਂਟਰ ਜਿਹੜੀ ਉੱਥੇ ਇਕੱਤਰ ਹੋਈ ਆ, ਜਿਨ੍ਹਾਂ ਨੂੰ ਉੱਥੋਂ ਨਾਲ ਰਲਣਾ ਆ। ਪਰ ਜਿਹੜੀ ਇਹ ਨਗਰ ਕੀਰਤਨ ਦੇ ਰੂਪ ਵਿੱਚ ਸੰਗਤ ਜਿਹੜੀ ਪਹੁੰਚੀ ਆ ਉਹ ਬਹੁਤ ਵੱਡੀ ਗਿਣਤੀ ਵਿੱਚ ਆ। ਦੇਖ ਕੇ ਦਿਲ ਬਹੁਤ ਖੁਸ਼ ਹੋਇਆ ਕਿ ਇੰਨੇ ਪ੍ਰਬੰਧ, ਇੰਨੇ ਇੰਤਜ਼ਾਮ ਕਰਨ ਦੇ, ਇੰਨਾ ਆਰਗੇਨਾਈਜ਼ ਜਿਹੜਾ ਇੰਨਾ ਸਮਾਂ ਦਿੱਤਾ ਸਾਰੇ ਪ੍ਰਬੰਧਕਾਂ ਨੇ। ਕੈਲੀਫੋਰਨੀਆ ਦੇ ਸਾਰੇ ਹੀ ਗੁਰੂ ਘਰ ਜਿੰਨੇ ਆ ਉਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਇਸੇ ਤਰ੍ਹਾਂ ਹੀ ਜਿਹੜੀਆਂ ਇਹ ਹੋ ਪਿਆ ਕਿ ਅੱਗੇ ਤੋਂ ਵੀ ਸੰਗਤ ਸਹਿਯੋਗ ਦਿੰਦੀ ਰਹੇਗੀ ਔਰ ਚੜ੍ਹਦੀ ਕਲਾ ਦੇ ਨਾਲ ਇਹ ਪ੍ਰੋਗਰਾਮ ਜਿਹੜੇ ਹੁੰਦੇ ਰਹਿਣਗੇ।
ਤੇ ਕਿਉਂਕਿ ਨਾ ਤੇ ਇਹ ਭੁੱਲਣ ਵਾਲਾ ਸਾਕਾ ਆ, ਕਿਉਂਕਿ ਸਿੱਖ ਕੌਮ ਦੇ ਵਿੱਚ ਤੀਜਾ ਘੱਲੂਘਾਰਾ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਕ ਇਹ ਅਤਿਆਚਾਰ ਗੌਰਮੈਂਟ ਵੱਲੋਂ ਜਾਣਬੁੱਝ ਕੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਮੇਨ ਚੁਣਿਆ ਗਿਆ। ਇੱਕ ਸਿੱਖ ਕੌਮ ਨੂੰ ਸਬਕ ਸਿਖਾਉਣ ਦਾ ਇੱਕ ਜਿਹੜਾ ਉਹ ਇੱਕ ਤਹੀਆ ਕੀਤਾ ਗਿਆ। ਔਰ ਸਭ ਤੋਂ ਵੱਡੀ ਅੱਜ ਕੱਲ੍ਹ ਜਿਹੜੀ ਇਹ ਆ ਕਿ ਇੱਕ ਨੈਰੇਟਿਵ ਪਿਛਲੇ 40 ਸਾਲਾਂ ਤੋਂ ਸਿਰਜਿਆ ਗਿਆ, ਉਹ ਇਹ ਸੀ ਕਿ ਇਹ ਜਿਹੜਾ ਹਮਲਾ ਕਾਂਗਰਸ ਨੇ ਕੀਤਾ, ਜਦ ਕਿ ਕਾਂਗਰਸ ਨੇ ਤੇ ਹਮਲਾ ਇਹ ਕੀਤਾ ਹੀ ਕੀਤਾ ਸੀ, ਪਰ ਜਿਹੜੀ ਭਾਰਤੀ ਜਨਤਾ ਪਾਰਟੀ ਸੀ ਉਹਨਾਂ ਦੇ ਲੀਡਰਾਂ ਨੇ ਬੈਨਰ ਲੈ ਕੇ ਹੱਥਾਂ ਦੇ ਵਿੱਚ ਪੋਸਟਰ ਫੜ ਕੇ ਇਹ ਗੱਲਾਂ ਕਹੀਆਂ ਸੀ ਅੰਮ੍ਰਿਤਸਰ ਵੀ ਔਰ ਪੂਰੇ ਇੰਡੀਆ ਵਿੱਚ ਵੀ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਹਮਲਾ ਕਰੋ। ਸਾਨੂੰ ਗੁਰੂ ਪਿਆਰਿਓ ਉਹ ਇਹ ਵੀ ਜਿਹੜੀ ਚੀਜ਼ ਯਾਦ ਰੱਖਣੀ ਚਾਹੀਦੀ ਆ। ਵਿੱਚ ਹੀ ਲక్ష్ਮੀਕਾਂਤ ਚਾਵਲਾ, ਵਿੱਚ ਹੀ ਅਡਵਾਨੀ, ਉਹਨਾਂ ਸਾਰਿਆਂ ਨੇ ਉਦੋਂ ਮੁਲਾਕਾਤ ਕੀਤੀ ਸੀ ਗਾਂਧੀ ਦੇ ਨਾਲ। ਉਹਨਾਂ ਨੇ ਕਿਹਾ ਦੇਖੋ ਸਾਨੂੰ ਆਪਣੇ ਸਤਿਗੁਰ ਤੇ ਜਿਹੜੀ ਆਸਥਾ ਸ਼ਰਧਾ ਰੱਖਣੀ ਚਾਹੀਦੀ ਹੈ। ਪੰਚਮ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਹੋਈ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਗੁਰਗੱਦੀ ਤੇ ਬੈਠੇ, ਉਹਨਾਂ ਨੇ ਫੌਜ ਤਿਆਰ ਕੀਤੀ। ਉਹਨਾਂ ਨੇ ਫੌਜ ਤਿਆਰ ਕਰਨ ਤੋਂ ਬਾਅਦ ਜਿਹੜਾ ਸ਼ਹੀਦੀ ਦਾ ਮੇਨ ਦੋਸ਼ੀ ਸੀਗਾ ਉਹਨੂੰ ਚੰਦੂ ਨੂੰ ਪਕੜਿਆ, ਜਹਾਂਗੀਰ ਤੋਂ ਮੰਗ ਕੇ ਲਿਆ ਕਿ ਤੁਸੀਂ ਰਾਜੇ ਆ, ਤੁਹਾਨੂੰ ਨਹੀਂ ਪਤਾ ਜਿਹੜਾ ਇੱਕ ਮਤਲਬ ਸਾਡੇ ਪਿਤਾ ਦਾ ਗੁਰੂ ਪਿਤਾ ਦਾ ਜਿਹੜਾ ਕਾਤਲ ਆ ਉਹ ਚੰਦੂ ਆ, ਤੇ ਚੰਦੂ ਨੂੰ ਮੰਗ ਕੇ ਲੈ ਕੇ ਉਹਦੇ ਨੱਕ 'ਚ ਨਕੇਲ ਪਾ ਕੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਘੁਮਾ ਕੇ ਉਹਦਾ ਜਿਹੜਾ ਹੈ ਕਤਲ ਕੀਤਾ ਸਤਿਗੁਰ ਜੀ ਨੇ। ਸਤਿਗੁਰ ਜਾਣਦੇ ਸੀ ਕਿ ਜਹਾਂਗੀਰ ਤੋਂ ਜ਼ਿਆਦਾ ਜਿਹੜਾ ਦੋਸ਼ੀ ਹੈ ਉਹ ਚੰਦੂ ਹੈ। ਇੱਦਾਂ ਜਿਹੜੇ ਦਿਖਾਉਣ ਵਾਲੇ ਦੰਦ ਹੋਰ ਔਰ ਖਾਣ ਵਾਲੇ ਹੋਰ, ਇਹ ਹਮੇਸ਼ਾ ਹੀ ਹੁੰਦੇ ਰਲੇ ਸੀਗੇ ਉਦੋਂ। ਹਾਂ, ਅੱਜ 70-80 ਸਾਲ ਦੇ ਜਿਹੜੇ ਬਜ਼ੁਰਗ ਆ ਉਹ ਅੱਜ ਵੀ ਇਹ ਗੱਲ ਕਰਦੇ ਕਿ ਤੱਕੜੀ ਨੂੰ ਵੋਟ ਅਸੀਂ ਪਾਵਾਂਗੇ। ਸਿਰਫ ਤੇ ਸਿਰਫ ਜਿਹੜੀ ਤੱਕੜੀ ਹੈ ਉਹ ਬਾਬੇ ਨਾਨਕ ਦੀ ਤੱਕੜੀ ਹੈ, ਪਰ ਤੱਕੜੀ ਦੀ ਜਿਹੜੀ ਤੱਕੜੀ ਦੇ ਵਿੱਚ ਜਿਹੜਾ ਚਿੱਟਾ ਖੁੱਲਦਾ ਰਿਹਾ ਔਰ ਅਤਿਆਚਾਰ ਹੁੰਦਾ ਰਿਹਾ, ਉਸ ਅਕਾਲੀ ਦਲ ਨੂੰ ਵੋਟਾਂ ਸਾਡੇ ਬਜ਼ੁਰਗ ਅੱਜ ਵੀ ਪਾਉਂਦੇ ਰਹੇ, ਕਿਉਂਕਿ ਇਮੋਸ਼ਨਲ ਹੋ ਕੇ ਉਹਨਾਂ ਨੂੰ ਇੱਕ ਨੈਰੇਟਿਵ ਇਹ ਸਾਜ ਦਿੱਤਾ ਸੀ ਕਿ ਜਿਹੜਾ ਹਮਲਾ ਆ ਉਹ ਸਿਰਫ ਤੇ ਸਿਰਫ ਕਾਂਗਰਸ ਨੇ ਕੀਤਾ ਸੀ। ਅੱਜ ਅਸੀਂ ਦੇਖ ਰਹੇ ਹਾਂ ਕਿੱਦਾਂ ਦੇ ਹਾਲਾਤ ਸਾਡੀਆਂ ਸਿੱਖ ਸੰਸਥਾਵਾਂ ਜਿਹੜੀਆਂ ਆ ਉਹ ਕਿੱਦਾਂ ਭਗਮਾ ਕਰਨ ਉਹਨਾਂ ਦਾ ਹੋ ਚੁੱਕਾ ਆ। ਉਹਦੇ ਵਿੱਚ ਕਿੱਦਾਂ ਜਿਹੜੇ ਸਾਡੀਆਂ ਉਹ ਜਿਹੜੀਆਂ ਸ਼੍ਰੋਮਣੀ ਸੰਸਥਾਵਾਂ ਆ ਉਹਦੇ ਵਿੱਚ ਕਾਬਜ ਲੋਕ ਹੋ ਗਏ, ਔਰ ਉਹਨਾਂ ਦਾ ਮੋਟਿਵ ਇਹ ਹੈ ਕਿ 1927 ਦੇ ਵਿੱਚ ਜਿਹੜੀ ਸਰਕਾਰ ਹੋਣੀ ਆ ਉਹ ਅਸੀਂ ਉਹਨਾਂ ਨੂੰ ਜਿਹੜੀ ਉਹ ਸੌਂਪ ਦਈਏ। ਔਰ ਸਿੱਖ ਜਿਹੜੇ ਆ ਉਸੇ ਤਰ੍ਹਾਂ ਅੱਜ ਉਹ ਬਲਵੀਰ ਸਿੰਘ ਭਰਪੂਰ ਉਹਨਾਂ ਦੀਆਂ ਜਿਹੜੀਆਂ ਗੱਲਾਂ ਕਹੀਆਂ ਉਹ ਯਾਦ ਆਉਂਦੀਆਂ ਅੱਜ ਤੋਂ 45 ਸਾਲ ਪਹਿਲਾਂ ਕਿ ਗੁਰਸਿੱਖ ਬੱਚਾ ਜਿਹੜਾ ਪਿੰਜਰੇ ਦੇ ਵਿੱਚ ਉਹ ਹਮੇਸ਼ਾ ਇੱਦਾਂ ਪਿਆ ਤੜਫਦਾ ਰਹੇਗਾ। ਅਸੀਂ ਤੜਫ ਰਹੇ ਹਾਂ। ਸਾਡੇ ਛੋਟੇ ਵੀਰ ਭਾਈ ਅੰਮ੍ਰਿਤਪਾਲ ਹੁਣੀ, ਉਹਨਾਂ ਤੇ ਦੇਖੋ ਕਿੰਨਾ ਬਿਨਾਂ ਗੱਲ ਤੋਂ ਜਿਹੜਾ ਹੈ ਉਹ ਹਾਲੇ ਕਿ ਉਹਨਾਂ ਦਾ ਕਸੂਰ ਕੋਈ ਨਾ ਸੀ, ਉਹਨਾਂ ਨੇ ਕੋਈ ਕਤਲ ਨਹੀਂ ਕੀਤਾ, ਕੋਈ ਗੱਲਬਾਤ ਨਹੀਂ ਹੋਈ, ਉਹਨਾਂ ਦੀ ਬਾਰ-ਬਾਰ NSA ਵਧਾਈ ਗਈ। ਇਹ ਸਾਨੂੰ ਜਿਹੜਾ ਸਬਕ ਹਮੇਸ਼ਾ ਹੀ ਇਹ ਸਿਖਾਉਂਦੇ ਰਹਿਣਗੇ। ਪਰ ਅੱਜ ਜਿੱਥੇ ਤੱਕ ਗੁਰਸਿੱਖ ਜਿਹੜਾ ਸਿੱਖ ਖਾਲਸਾ ਪੰਥ ਜਿਹੜਾ ਵਧਿਆ ਫੁੱਲਿਆ ਆ, ਜੈ ਜੈਕਾਰ ਹੋ ਰਹੀ ਹੈ ਸਾਰੇ ਵਰਲਡ ਦੇ ਵਿੱਚ ਸਤਿਗੁਰੂ ਜੀ ਦੀ ਕਿਰਪਾ ਸਦਕਾ। ਇੰਨੀ ਵੱਡੀ ਗਿਣਤੀ ਵਿੱਚ ਮੈਂ ਉੱਥੇ ਸਟੇਜ ਤੇ ਵੀ ਕਹਿ ਕੇ ਆਇਆ ਕਿ ਜਿਹੜੀ ਕੌਮ ਹੈ ਨਾ, ਕੌਮ ਦੇ ਵਿੱਚ ਜਿਹੜੇ ਇਹ ਜਿੰਨੇ ਅੱਜ ਇੱਥੇ ਗੁਰਸਿੱਖ ਪਹੁੰਚੇ ਆ, ਭਾਵੇਂ ਇਹਨਾਂ ਦੀ ਗਿਣਤੀ ਜੂਬਾ ਸਿਟੀ ਨਾਲੋਂ ਦੂਜੇ ਨਾਲੋਂ ਜ਼ਿਆਦਾ ਹੋਵੇ, ਪਰ ਇਹ ਸਿਰਫ ਤੇ ਸਿਰਫ ਜਿਹੜੇ ਸਿੱਖ ਹੈ ਸਮਰਪਿਤ ਹੈ ਪੰਥ ਨੂੰ, ਖਾਲਸੇ ਨੂੰ। ਇਹਨਾਂ ਦੇ ਵਿੱਚ ਜਜ਼ਬਾ ਕਿ ਅਸੀਂ ਆਪਣਾ ਕੌਮੀ ਘਰ ਬਣਾਉਣਾ ਆ। ਸ਼ਹੀਦਾਂ ਲਈ ਆਏ ਨੇ ਇਹ ਬਲਦੇ ਜਗਦੇ ਦੀਵੇ ਆ। ਮੈਂ ਉੱਥੇ ਵੀ ਸਟੇਜ ਤੇ ਕਿਹਾ ਸੀ ਕਿ ਜਿਹੜਾ ਦੀਵਾ ਜਗਦਾ ਉਹ ਭਾਵੇਂ ਰਸਤੇ ਨੂੰ ਨਹੀਂ ਰੋਸ਼ਨਾਉਂਦਾ, ਪਰ ਉਹ ਪ੍ਰਤੀਕ ਹੁੰਦਾ ਕਿ ਇਹਦੀ ਇਸ ਮੜੀ ਦੇ ਜਿਹੜੇ ਵਾਰਸ ਆ ਉਹ ਜੀਂਦੇ ਆ। ਉਹ ਇਸ ਗੱਲ ਦਾ ਜ਼ਰੂਰ ਪ੍ਰਤੀਕ ਹੁੰਦਾ ਜੀ। ਇਸ ਕਰਕੇ ਚੜ੍ਹਦੀ ਕਲਾ ਦੇ ਨਾਲ ਜਿੰਨੇ ਮੇਰੇ ਵੀਰ ਆਏ ਆ, ਪਰ ਜਿਹੜੇ ਘਰਾਂ 'ਚ ਬੈਠੇ ਦੇਖ ਰਹੇ ਆ ਉਹ ਵੀ ਵੱਡੇ ਭਾਗਾਂ ਵਾਲੇ ਆ। ਅੱਗੇ ਤੋਂ ਇਹਨਾਂ ਨੂੰ ਬੇਨਤੀ ਹੈ ਸਾਰੇ ਮੇਰੇ ਵੀਰਾਂ ਭੈਣਾਂ ਨੂੰ, ਮਾਤਾਵਾਂ ਨੂੰ, ਬੱਚਿਆਂ ਨੂੰ ਲੈ ਕੇ ਆਇਆ ਕਰੋ। ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਏਗੀ। ਇੱਦਾਂ ਹੀ ਇਹ ਜਿਹੜੇ ਹੈ ਨਗਰ ਕੀਰਤਨ ਹੁੰਦੇ ਰਹਿਣ। ਸਮੁੱਚੇ ਜਿੰਨੀਆਂ ਵੀ ਪ੍ਰਬੰਧਕ ਕਮੇਟੀਆਂ, ਜਿੰਨੇ ਵੀ ਆਰਗੇਨਾਈਜੇਸ਼ਨਾਂ ਜਿਹੜੀਆਂ ਸਪੈਸ਼ਲ ਤੌਰ ਤੇ ਜਿਹੜਾ ਪੰਜਾਬੀ ਰੇਡੀਓ USA, ਇਹਨਾਂ ਦੀ ਸਮੁੱਚੀ ਟੀਮ ਭਾਈ ਹਰਜੋਤ ਸਿੰਘ ਜੀ, ਨਵਕਰਨ ਸਿੰਘ ਜੀ, ਸਾਰੀ ਜੋਤ ਦਾ, ਸਾਰੀ ਮੈਨੇਜਮੈਂਟ ਟੀਮ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਆ, ਜਿਹੜੇ ਹਮੇਸ਼ਾ ਚੜ੍ਹਦੀ ਕਲਾ ਨਾਲ ਇਹ ਪ੍ਰਚਾਰ ਕਰ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਠੀਕ ਵਾਹਿ ਖਾਲਸਾ ਵਾਹਿ। ਸੋ ਸ਼ਹੀਦਾਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਹੋ ਰਿਹਾ, ਕਿਵੇਂ ਮਹਿਸੂਸ ਕਰ ਰਹੇ ਆ, ਕਿਉਂ ਇੰਪੋਰਟੈਂਟ ਹੈ? ਸੰਗਤਾਂ ਦੀ ਬਹੁਤ ਮਿਹਰਬਾਨੀ ਆ, ਸਾਰੇ ਸੰਗਤਾਂ ਹਮ ਕੇ ਪਹੁੰਚਿਆ ਵਾ। ਇਹ ਸਾਨੂੰ ਹਰੇਕ ਬੰਦੇ ਨੂੰ ਉੱਥੇ ਪਹੁੰਚਣਾ ਚਾਹੀਦਾ, ਜਿਹੜੇ ਨਹੀਂ ਵੀ ਘਰਾਂ 'ਚ ਬੈਠੇ ਸੁਣਦੇ ਆ ਵੀ ਅਸੀਂ ਅੱਜ ਦਾ ਦਿਨ
84 ਦੇ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਇੱਥੇ ਸਾਨੂੰ ਨਗਰ ਕੀਰਤਨ ਵੱਧ ਤੋਂ ਵੱਧ ਹਾਜ਼ਰੀ ਭਰਨੀ ਚਾਹੀਦੀ ਆ। ਸਾਨੂੰ ਸ਼ਹੀਦਾਂ ਨੂੰ ਭੁਲਾਉਣਾ ਨਹੀਂ ਚਾਹੀਦਾ, ਉਹਨਾਂ ਦੇ ਹਰ ਵੇਲੇ ਕੁਰਬਾਨੀਆਂ ਨੂੰ ਯਾਦ ਰੱਖ ਕੇ ਜਾਤੇ ਸਾਡਾ ਰਾਜ ਭਾਗ ਨਹੀਂ ਮਿਲਦਾ, ਉਦੋਂ ਦੇ ਸਾਨੂੰ ਹਰ ਹਾਲਤ ਵਿੱਚ ਇਹ ਸਹਿਯੋਗ ਪ੍ਰਬੰਧਕ ਕਮੇਟੀਆਂ ਦਾ, ਗੁਰਦੁਆਰਾ ਨਗਰ ਕੀਰਤਨ ਕਮੇਟੀਆਂ ਦਾ ਸਹਿਯੋਗ ਦੇਣਾ ਚਾਹੀਦਾ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਸੋ ਖਬਰਾਂ ਹੀ ਤੁਸੀਂ ਲਗਾਤਾਰ ਦੇਖ ਰਹੇ ਹੋ ਪੰਜਾਬੀ ਰੇਡੀਓ USA ਅਤੇ TV 84 ਦੇ ਉੱਤੇ। ਬਹੁਤ ਹੀ ਵਧੀਆ ਢੰਗ ਦੇ ਨਾਲ ਬੜੇ ਡਿਸਪਲਿਨ ਦੇ ਵਿੱਚ ਜਿਹੜਾ ਆ ਉਹ ਇਸ ਟਾਈਮ ਪ੍ਰੋਗਰਾਮ ਜਿਹੜਾ ਆ ਉਹ ਚੱਲ ਰਿਹਾ ਆ। ਸੋ ਹੁਣ ਮੈਂ ਮਾਈਕ ਦਿੰਦਾ ਆ ਪ੍ਰਵੀਨ ਸ਼ਰਮਾ ਜੀ ਨੂੰ, ਉਹ ਕੁਛ ਚਿਰ ਤੁਹਾਡੇ ਨਾਲ ਸੰਗਤਾਂ ਦੇ ਨਾਲ ਜਿਹੜੀ ਉਹ ਸਾਂਝ ਪਾਉਣਗੇ ਜੀ। ਬਹੁਤ ਧੰਨਵਾਦ ਰਾਜਕਰਮਵੀਰ ਸਿੰਘ ਜੀ, ਬਹੁਤ ਧੰਨਵਾਦ। ਜਦੋਂ ਤੋਂ ਸ਼ੁਰੂਆਤ ਹੋਈ ਆ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਇੰਟਰਵਿਊਜ਼ ਕੀਤੀਆਂ ਨੇ, ਸੰਗਤ ਦੇ ਨਾਲ ਗੱਲਬਾਤ ਕੀਤੀ ਹੈ। ਰਾਜਕਰਮਵੀਰ ਸਿੰਘ ਜੀ ਆਪਣੇ ਨਾਲ ਸਨ। ਸੋ ਇਸ ਟਾਈਮ ਆਪਾਂ ਬਹੁਤ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਉਹ ਦਾਖਲ ਹੋਣ ਜਾ ਰਹੇ ਹਾਂ ਸਿਵਿਕ ਸੈਂਟਰ ਦੇ ਵਿੱਚ, ਤੇ ਆਪਣੇ ਨਾਲ ਭਾਈ ਸਾਹਿਬ ਜੁੜੇ ਨੇ ਸਟਾਕਟਨ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਚਿਰ ਸੇਵਾ ਕੀਤੀ ਆ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਬਹੁਤ ਧੰਨਵਾਦ ਤੁਹਾਡਾ। ਸੋ ਕਿਹੋ ਜਿਹਾ ਉਤਸ਼ਾਹ, ਕਿਹੋ ਜੀ ਗੱਲਬਾਤ ਹੈ ਇਸ ਟਾਈਮ, ਕਿਹੋ ਜਿਹਾ ਜਲਵਾ ਨਗਰ ਕੀਰਤਨ ਦਾ ਕਹਿਣਾ ਚਾਹੋਗੇ? ਆਪ ਜੀ ਦੇਖ ਰਹੇ ਹੋ ਕਿ ਇਸ ਟਾਈਮ ਸੰਗਤਾਂ ਹਮ-ਹਮਾ ਕੇ ਦੂਰੋਂ ਨੇੜਿਓਂ ਪਹੁੰਚੀਆਂ ਹਨ ਤੇ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਇਆਂ, ਗੁਰੂ ਪਾਤਸ਼ਾਹ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਨਗਰ ਕੀਰਤਨ ਦੇ ਵਿੱਚ ਚੱਲ ਰਹੀਆਂ ਹਨ। ਜੀ ਬਿਲਕੁਲ। ਸੋ ਗੱਲ ਇਸ ਦਿਨ ਚੱਲਦੀ ਹੈ ਜ਼ੁਲਮ ਦੀ, ਤੀਜੇ ਘੱਲੂਘਾਰੇ ਦੀ। ਉਸ ਜ਼ੁਲਮ ਨੂੰ ਕਿਵੇਂ ਪ੍ਰਭਾਸ਼ਿਤ ਕਰੋਗੇ? ਹਾਂਜੀ, ਮੇਰਾ ਸੁਣਿਆ ਨਹੀਂ ਵਿੱਚ ਲਾਊਡ ਸਪੀਕਰ ਦੇਖੀ ਕਹਿੰਦੇ, ਮੈਨੂੰ ਸੁਣਿਆ ਨਹੀਂ ਕੀ ਕਹਿੰਦੇ। ਮੈਂ ਕਿਹਾ ਜ਼ੁਲਮ ਦੀ ਗੱਲ ਚੱਲ ਰਹੀ ਹੈ ਤੀਜੇ ਘੱਲੂਘਾਰੇ ਦੀ। ਹਾਂਜੀ, ਤੇ ਕਿਵੇਂ ਬਿਆਨ ਕਰੋਗੇ? ਜ਼ੁਲਮ ਦੇ ਵਿੱਚ ਦੇਖੋ ਜੀ ਇਹੀ ਗੱਲ ਕਹਿਣੀ ਪੜਦੀ ਆ ਕਿ ਹਿੰਦੁਸਤਾਨ ਦੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਸੀ ਕਿ ਸਾਨੂੰ ਨੇਸ ਤੋਂ ਨਬੂਦ ਕਰਨ ਵਾਸਤੇ, ਪਰ ਉਹ ਭੁੱਲ ਗਏ ਸੀ ਕਿ ਜਿਨ੍ਹਾਂ ਦੀ ਬਦੌਲਤ, ਜਿਨ੍ਹਾਂ ਨੇ ਮੁਗਲਾਂ ਰਾਜ ਤੋਂ ਇਹਨਾਂ ਦੀਆਂ ਧੀਆਂ ਭੈਣਾਂ ਨੂੰ ਚੱਕ ਕੇ ਲਿਜਾਣ ਵਾਲਿਆਂ ਨੂੰ ਸਿਰ ਚੱਕ ਕੇ ਜਿਉਣ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਸੀ। ਇਹਨਾਂ ਨੇ ਉਸ ਜਗ੍ਹਾ ਨੂੰ ਨੇਸ ਤੋਂ ਨਬੂਦ ਕਰਨ ਵਾਸਤੇ ਇੰਨਾ ਕੁਛ ਕੀਤਾ। ਪਰ ਖਾਲਸੇ ਪੰਥ ਦੀ ਚੜ੍ਹਦੀ ਕਲਾ, ਕਿਉਂਕਿ ਕਲਗੀਆਂ ਵਾਲਾ ਉਹਦਾ ਵਾਰਸ ਆ, ਉਹਨੇ ਆਪਣੇ ਪੁੱਤਾਂ ਦੀ ਸ਼ਹਾਦਤ ਦੇ ਕੇ ਸਾਨੂੰ ਇਸ ਜਗ੍ਹਾ ਤੇ ਖੜਨ ਜੋਗੇ ਕੀਤਾ ਹੈ। ਇਸ ਕਰਕੇ ਬੇਸ਼ੱਕ ਜਿੰਨਾ ਮਰਜ਼ੀ ਸਰਕਾਰਾਂ ਜ਼ੁਲਮ ਕਰ ਲੈਣ, ਖਾਲਸਾ ਰਾਜ ਆਵੇਗਾ, ਜ਼ਰੂਰ ਆਵੇਗਾ ਜੀ। ਬਿਲਕੁਲ ਬਿਲਕੁਲ। ਸੋ ਜ਼ੁਲਮ ਦੀ ਇੰਤਹਾ ਹੋਈ ਸੀ, ਛੋਟੇ ਛੋਟੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਹਾਂਜੀ, ਆਪ ਜੀ ਨੇ ਦੇਖਿਆ ਇਤਿਹਾਸ ਨੂੰ ਸਾਰਾ ਪੜ੍ਹਿਆ ਸੁਣਿਆ ਆ ਕਿ ਕਿਵੇਂ ਬੱਚੇ ਆਪਣੇ ਮਾਵਾਂ ਦੇ ਦੁੱਧ ਵਾਸਤੇ ਬਿਲਕਦੇ ਸਨ ਤੇ ਮਾਵਾਂ ਦੀ ਸ਼ਹਾਦਤ ਹੋਈ ਪਈ ਸੀ। ਪਰ ਉਹ ਬੱਚੇ ਅੱਜ ਜਵਾਨ ਹੋ ਕੇ 42 ਸਾਲ ਦੇ ਹੋ ਕੇ ਅੱਜ ਉਹ ਸਿੱਖ ਕੌਮ ਦੀ ਸੇਵਾ ਕਰ ਰਹੇ ਆ। ਬੇਸ਼ੱਕ ਸਰਕਾਰਾਂ ਆਪਣੀ ਕਸਰ ਨਹੀਂ ਛੱਡਦੀਆਂ, ਪਰ ਗੁਰੂ ਪਾਤਸ਼ਾਹ ਦੀ ਮਿਹਰ ਆ ਇਸ ਪੰਥ ਦੇ ਉੱਤੇ ਕਿ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ। ਬਿਲਕੁਲ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਦੱਸਿਆ ਸਾਨੂੰ ਜੋ ਵੀ ਕੁਝ ਵਾਪਰਿਆ ਸੀਗਾ ਉਸ ਦਿਨ, ਪਰ ਇਹ ਜ਼ਰੂਰੀ ਹੈ ਕਿ ਕੌਮਾਂ ਆਪਣਾ ਇਤਿਹਾਸ ਯਾਦ ਰੱਖਣ। ਹਾਂਜੀ, ਮੈਂ ਇਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਜਦੋਂ ਆਪਾਂ ਘਰਾਂ ਦੇ ਵਿੱਚ ਬੈਠੇ ਹੁੰਦੇ ਆ, ਇਸ ਨਗਰ ਕੀਰਤਨ ਵਾਸਤੇ, ਪਾਤਸ਼ਾਹੀ ਰੈਲੀ ਵਾਸਤੇ ਬਾਰ-ਬਾਰ ਹਰ ਸਟੇਜ ਤੋਂ ਬੇਨਤੀ ਕੀਤੀ ਗਈ, ਪਰ ਜਿਹੜੀਆਂ ਸੰਗਤਾਂ ਘਰ ਬੈਠੀਆਂ ਉਹ ਜ਼ਰੂਰ ਸੋਚਣ ਅੱਜ ਇਸ ਗੱਲ ਨੂੰ ਕਿ ਅਸੀਂ ਇੰਨਾ ਵੀ ਨਹੀਂ ਕਰ ਸਕੇ ਉਹਨਾਂ ਵਾਸਤੇ ਜਿਨ੍ਹਾਂ ਨੇ ਸਾਡੀ ਖਾਤਰ ਸ਼ਹਾਦਤਾਂ ਦਿੱਤੀਆਂ। ਗਦਰੀ ਬਾਬੇ ਇੱਥੋਂ ਗਏ, ਕਿਹਦੀ ਖਾਤਰ ਗਏ ਸੀ, ਕਿਉਂ ਗਏ ਸੀ, ਕੀ ਉਹ ਕਹਿਣਾ ਚਾਹੁੰਦੇ ਸੀ, ਸਾਨੂੰ ਕੀ ਦੱਸਣਾ ਚਾਹੁੰਦੇ ਸੀ। ਅਸੀਂ ਅੱਜ ਉਸ ਜਨਰੇਸ਼ਨ ਨੂੰ ਲੈ ਕੇ ਘਰਾਂ ਦੇ ਵਿੱਚ ਬੈਠੇ ਆ ਜਿਨ੍ਹਾਂ ਦਾ ਸੁੱਖ ਸਾਨੂੰ ਸ਼ਹੀਦਾਂ ਨੇ ਬਖਸ਼ਿਆ ਆ। ਇਸ ਕਰਕੇ ਮੈਂ ਬੇਨਤੀ ਕਰੂੰਗਾ, ਜਦੋਂ ਵੀ ਕੋਈ ਇਹੋ ਜਿਹੀ ਪਾਤਸ਼ਾਹੀ ਰੈਲੀ ਹੁੰਦੀ ਆ, ਜਦੋਂ ਵੀ ਇਹੋ ਜਿਹਾ ਕੋਈ ਸੁਨੇਹਾ ਸਿੱਖ ਕੌਮ ਵੱਲੋਂ ਮਿਲਦਾ ਆ ਕਿ ਆਪਾਂ ਸਾਰੇ ਉਹ ਸ਼ਹੀਦਾਂ ਦੀ ਯਾਦ ਵਿੱਚ ਇਕੱਠੇ ਹੋ ਰਹੇ ਆ, ਹਮੇਸ਼ਾ ਹਮ-ਹਮਾ ਕੇ ਪਹੁੰਚਿਆ ਕਰੀਏ, ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੀਏ, ਉਹਨਾਂ ਨੂੰ ਦੱਸ ਸਕੀਏ ਕਿ ਸਾਡੇ ਨਾਲ ਹੋਇਆ ਕੀ ਸੀ। ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਬੇਨਤੀ ਕਰੂੰਗਾ, ਜਿਹੜੇ ਇਸ ਸਾਲ ਰਹਿ ਗਏ ਉਹ ਅਗਲੇ ਸਾਲ ਵਾਸਤੇ ਘੋਲ ਨਾ ਕਰਨ, ਆਪਣੇ ਘਰਾਂ ਚੋਂ ਨਿਕਲਣਾ ਹੀ ਪੈਣਾ, ਕਿਉਂਕਿ ਸਿੱਖ ਰਾਜ ਦੀ ਪ੍ਰਾਪਤੀ ਇਕੱਲੇ ਇਹਨਾਂ ਲੋਕਾਂ ਵਾਸਤੇ ਨਹੀਂ, ਸਾਰੇ ਹਿੰਦੁਸਤਾਨ ਵਾਸਤੇ, ਪੰਜਾਬ ਵਾਸਤੇ ਆ। ਹਰ ਖਾਲਸਾ ਰਾਜ ਦੇ ਵਿੱਚ ਰਹਿਣ ਵਾਲਾ ਬਚਿੰਦਾ ਉਸ ਦਾ ਵਸਨੀਕ ਹੋਵੇਗਾ। ਸਹੀ ਹੈ, ਬਿਲਕੁਲ ਬਿਲਕੁਲ। ਭਾਈ ਸਾਹਿਬ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਦੱਸਿਆ ਵੀ ਕੀ ਕੁਝ ਵਾਪਰਿਆ ਸੀ, ਕਿਸ ਤਰੀਕੇ ਦੇ ਨਾਲ ਲੋਕਾਂ ਤੇ ਜ਼ੁਲਮ ਹੋਇਆ ਤੇ ਕਿਵੇਂ ਆਪਾਂ ਨੂੰ ਸੇਧ ਲੈਣੀ ਚਾਹੀਦੀ ਆ। ਸੋ ਜਿਹੜੇ ਘਰੇ ਹੀ ਬੈਠੇ ਨੇ ਉਹਨਾਂ ਨੂੰ ਬੇਨਤੀ ਆ ਵੀ ਘਰਾਂ 'ਚੋਂ ਬਾਹਰ ਨਿਕਲਣ ਤੇ ਨਗਰ ਕੀਰਤਨ ਦਾ, ਪਾਤਸ਼ਾਹੀ ਰੈਲੀ ਦਾ ਹਿੱਸਾ ਬਣਨ। ਹਾਂਜੀ, ਇੱਕ ਮੈਂ ਗੱਲ ਹੋਰ ਕਹਿਣੀ ਚਾਹਾਂਗਾ ਕਿ ਮਨ ਵਿੱਚ ਨਾ ਚਾਅ ਹੋਣਾ ਚਾਹੀਦਾ ਕਿ ਜਿਨ੍ਹਾਂ ਦੇ ਮਨ ਵਿੱਚ ਚਾਅ ਹੁੰਦਾ ਨਾ, ਜਿੱਦਾਂ ਆਪਣੇ ਧੀਆਂ ਪੁੱਤਾਂ ਦਾ ਵਿਆਹ ਹੁੰਦਾ, ਆਪਣੇ ਮਨ 'ਚ ਚਾਅ ਹੁੰਦਾ। ਇਹ ਸ਼ਹੀਦ ਹੋ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਆ, ਇਹਨਾਂ ਦੇ ਮਨ ਵਿੱਚ ਚਾਅ ਸੀ ਸ਼ਹਾਦਤ ਦਾ। ਸੰਤ ਜਰਨੈਲ ਸਿੰਘ ਖਾਲਸਾ ਜੀ ਨੂੰ ਸਿੰਘ ਪੁੱਛਦੇ ਆ ਕਿ ਸੰਤ ਜੀ ਪ੍ਰਸ਼ਾਦੇ ਦੀ ਕਿੱਦਾਂ ਹੁਣ? ਸੰਤ ਕਹਿੰਦੇ ਪ੍ਰਸ਼ਾਦਾ ਹੁਣ ਗੁਰੂ ਗੋਬਿੰਦ ਸਿੰਘ ਦੇ ਕੋਲ ਜਾ ਕੇ ਛਕਾਂਗੇ। ਇਹ ਹੁੰਦਾ ਚਾਅ ਮਨ ਵਿੱਚ, ਤੇ ਜਿਨ੍ਹਾਂ ਨੂੰ ਵਾਕਿਆ ਹੀ ਪਾਤਸ਼ਾਹ ਮਨ ਚਾਅ ਕਨੇਰਾ, ਜਿਨ੍ਹਾਂ ਨੂੰ ਪਾਤਸ਼ਾਹ ਦੇ ਨਾਲ ਮਿਲਣ ਦਾ ਚਾਅ ਆ। ਸਾਡੇ ਵਾਂਗੂ ਗੱਲਾਂ ਵਾਲੇ ਨਹੀਂ, ਗੱਲਾਂ ਵਾਲੇ ਤਾਂ ਬਹੁਤ ਤੁਰੇ ਫਿਰਦੇ ਆ, ਪਰ ਜਿਨ੍ਹਾਂ ਦੇ ਮਨ ਵਿੱਚ ਚਾਅ ਬਣ ਗਿਆ ਨਾ ਮਿਲਣ ਦਾ, ਉਹ ਹਮੇਸ਼ਾ ਹੀ ਚੜ੍ਹਦੀ ਕਲਾ ਨਾਲ ਗੁਰੂ ਸਾਹਿਬ ਦੇ ਕੋਲ ਜਾਣ ਵਾਸਤੇ ਤਤਪਰ ਰਹਿੰਦੇ ਆ ਜੀ। ਸੋ ਬਿਲਕੁਲ ਜਿਵੇਂ ਭਾਈ ਸਾਹਿਬ ਨੇ ਦੱਸਿਆ ਹੀ ਆ
ਮਨ ਚਾਓ ਘਨੇਰਾ ਵਾਲੀ ਗੱਲ ਆ। ਸੋ ਇਹ ਲਗਾਤਾਰ ਜਿਹੜੀ ਕਵਰੇਜ ਆ ਉਹ ਆਪਣੀ ਚੱਲਦੀ ਰਹੂਗੀ। ਇਸੇ ਤਰ੍ਹਾਂ ਆਪਾਂ ਤੁਹਾਨੂੰ ਦੱਸਦੇ ਚੱਲਾਂਗੇ ਕਿ ਕੀ ਕੁਝ ਪਾਤਸ਼ਾਹੀ ਰੈਲੀ ਦੇ ਵਿੱਚ ਵਾਪਰ ਰਿਹਾ, ਕਿ ਕਿਵੇਂ ਕਿਵੇਂ ਸੰਗਤਾਂ ਜਿਹੜੀਆਂ ਇਕੱਠੀਆਂ ਹੋ ਰਹੀਆਂ ਨੇ। ਸੋ ਇਹ ਮਤਲਬ ਭਾਵਨਾ ਦੀ ਗੱਲ ਹੁੰਦੀ ਹੈ, ਸਾਰੀ ਭਾਵਨਾ ਦੀ ਗੱਲ ਹੁੰਦੀ ਹੈ। ਸਭ ਪਾਸਾਂ ਦੀ ਭਾਵਨਾ ਤੇ ਗੱਲ ਖੜੀ ਹੈ ਜੀ। ਜੇ ਸਾਡੇ ਮਨ ਦੇ ਵਿੱਚ ਚਾਅ ਆ, ਸਾਡੇ ਮਨ 'ਚ ਭਾਵਨਾ ਆ, ਅੱਜ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਚੇਤੇ ਕਰਦੇ ਆ ਕਿ ਕਹਿੰਦੇ ਤੱਤੀ ਤਵੀ ਦੇ ਉੱਤੇ ਬੈਠੇ, ਸਿਰ ਵਿੱਚ ਬਲ ਦਾ ਤੱਤਾ ਰੇਤਾ ਪਾਇਆ ਜਾਂਦਾ ਉਹਨਾਂ ਦੇ। ਇਸੇ ਤਰੀਕੇ ਨਾਲ ਜੂਨ ਮਹੀਨੇ ਦੇ ਵਿੱਚ ਸ਼ਹਾਦਤਾਂ ਹੋਈਆਂ। ਦਰਬਾਰ ਸਾਹਿਬ ਦੇ ਵਿੱਚ ਅੰਦਰ ਸਾਡਾ ਸਰੋਵਰ, ਜਿਸ ਦੇ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ, ਇਸ਼ਨਾਨ ਕਰਕੇ ਸੰਗਤਾਂ ਆਪਣਾ ਜੀਵਨ ਸਫਲਾ ਕਰਦੀਆਂ, ਉਹਨੂੰ ਸੰਗਤਾਂ ਦੇ ਖੂਨ ਦੇ ਨਾਲ ਲੱਥਪੱਥ ਕੀਤਾ ਗਿਆ। ਪਰ ਸਾਡੀ ਭਾਵਨਾ ਇੰਨੀ ਉਸ ਜਗ੍ਹਾ ਵਾਸਤੇ ਕਿ ਡਿੱਠੇ ਸੱਭੇ ਥਾਮ ਨਾਹੀ ਤੁਧ ਜਿਹਾ, ਵੱਧੋ ਪੁਰਖ ਵਧਾਤੇ ਤਾਂ ਤੂੰ ਸੋਇਆ। ਉਸ ਅਕਾਲ ਪੁਰਖ ਨੇ ਆਪ ਉਸ ਦੀ ਰਚਨਾ ਕੀਤੀ ਹੈ ਤਾਂ ਅੱਜ ਦੁਨੀਆ ਦੇ ਵਿੱਚ ਉਹ ਸੋਹਣਾ ਦੁਨੀਆ ਦੇ ਵਿੱਚ ਬਚ ਰਹਿ ਰਿਹਾ। ਬਹੁਤ ਧੰਨਵਾਦ ਭਾਈ ਤੁਹਾਡਾ, ਬਹੁਤ ਧੰਨਵਾਦ ਆਪ ਸੰਗਤਾਂ ਦਾ। ਤੁਸੀਂ ਪਹੁੰਚੇ ਹੋ, ਮਾਧਿਅਮ ਰਾਹੀਂ ਸੇਵਾ ਕਰਦੇ ਹੋ। ਪੰਜਾਬੀ ਰੇਡੀਓ USA ਦਾ ਆਪ ਦੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਇਸੇ ਤਰ੍ਹਾਂ ਸੰਗਤ ਦੇ ਨਾਲ ਜਿਹੜੀ ਗੱਲਬਾਤ ਆ ਉਹ ਕਰਦੇ ਚੱਲਾਂਗੇ। ਸੋ ਇਸ ਟਾਈਮ ਤੁਸੀਂ ਦੇਖ ਰਹੇ ਹੋ ਆਪਾਂ ਜਿਹੜੀ ਰਵਾਨਗੀ ਹੈ ਨਗਰ ਕੀਰਤਨ ਦੀ, ਉਹ ਸੈਨ ਫਰਾਂਸਿਸਕੋ ਸਿਵਿਕ ਸੈਂਟਰ ਤੋਂ ਲੈ ਕੇ ਲਗਾਤਾਰ ਕੀਤੀ ਜਾ ਰਹੀ ਆ। ਸੋ ਆਪਾਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਦੂਜੀਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਨਾਲ ਵੀ। ਇਸ ਟਾਈਮ ਦੀ ਲਾਈਵ ਕਵਰੇਜ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਦੇਖ ਰਹੇ ਹੋ। TV 84 TV ਦੇ ਉੱਤੇ ਤੁਸੀਂ ਇਸ ਟਾਈਮ ਜਿਹੜੀ ਲਾਈਵ ਕਵਰੇਜ ਆ ਪਾਤਸ਼ਾਹੀ ਰੈਲੀ ਦੀ, ਨਗਰ ਕੀਰਤਨ ਦੀ, ਉਹਦੇ ਨਾਲ ਤੁਸੀਂ ਇਸ ਟਾਈਮ ਜੁੜੇ ਹੋਏ ਹੋ। ਸੋ ਦੋਨਾਂ ਹੀ ਮਾਧਿਅਮਾਂ ਤੇ ਤੁਸੀਂ ਇਸ ਕਵਰੇਜ ਨੂੰ ਲਾਈਵ ਜਿਹੜਾ ਉਹ ਦੇਖ ਰਹੇ ਹੋ YouTube ਚੈਨਲ ਦੇ ਨਾਲ Facebook ਦੇ ਉੱਤੇ। ਤੇ ਤੁਸੀਂ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਬੜੇ ਉਤਸ਼ਾਹ ਦੇ ਨਾਲ ਲਗਾਤਾਰ ਰਸ ਭਿੰਨ ਕੀਰਤਨ ਦਾ ਆਨੰਦ ਮਾਣਦੀ ਹੋਈ ਜਿਹੜੀ ਆ ਉਹ ਵੱਧ ਰਹੀ ਆ ਅੱਗੇ ਨੂੰ। ਹੁਣ ਤੋਂ ਥੋੜੇ ਸਮੇਂ ਦੇ ਵਿੱਚ ਹੀ ਆਪਾਂ ਜਿਹੜਾ ਉਹ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਦਾਖਲ ਹੋ ਜਾਣਾ ਤੇ ਉੱਥੇ ਜਾ ਕੇ ਫਿਰ ਜਿਹੜੀਆਂ ਤਕਰੀਰਾਂ ਹੋਣਗੀਆਂ, ਭਾਸ਼ਣ ਹੋਣਗੇ ਤੇ ਇਹਨਾਂ ਭਾਸ਼ਣਾਂ ਦੇ ਵਿੱਚ ਜਿੰਨੇ ਵੀ ਸਿੱਖ ਚਿੰਤਕ, ਸਿੱਖ ਬੁਲਾਰੇ ਜਿਹੜੇ ਨੇ ਉਹ ਪਹੁੰਚੇ ਨੇ, ਉਹ ਜਿਹੜੇ ਉਹ ਲਗਾਤਾਰ ਤੁਹਾਡੇ ਤੱਕ ਜਿਹੜੀਆਂ ਉਹ ਤਕਰੀਰਾਂ ਦੇ ਵਿੱਚ ਹਿੱਸੇਦਾਰੀ ਪਾਉਣਗੇ। ਜਿਹੜੀਆਂ ਜੋ ਉੱਥੇ ਵਾਪਰਿਆ ਸੀ, ਜਿਸ ਤਰੀਕੇ ਦਾ ਉੱਥੇ ਜ਼ੁਲਮ ਹੋਇਆ ਸੀ, ਜਿਸ ਤਰੀਕੇ ਦਾ ਉੱਥੇ ਲੋਕਾਂ ਦੇ ਨਾਲ ਅਤਿਆਚਾਰ ਕੀਤਾ ਗਿਆ ਸੀ। ਤੀਜਾ ਘੱਲੂਘਾਰਾ 1984 ਪਾਤਸ਼ਾਹੀ ਰੈਲੀ ਨਗਰ ਕੀਰਤਨ ਜਿਹੜਾ ਇਸ ਟਾਈਮ ਤੁਸੀਂ ਲਾਈਵ ਆ ਉਹ ਦੇਖ ਰਹੇ ਹੋ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਉਹ ਸਾਡੇ ਨਾਲ ਇੱਥੇ ਮੌਜੂਦ ਆ ਤੇ ਹੁਣ ਤੋਂ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਆਪਾਂ ਉਹ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਦਾਖਲ ਹੋ ਜਾਣਾ। ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ, ਜੋ ਵੀ ਇਸ ਟਾਈਮ ਗੁਰੂ ਮਹਾਰਾਜ ਦੇ ਜਿਹੜੀ ਸੇਵਾ ਉਹ ਕਰ ਰਹੇ ਨੇ, ਇਸ ਟਾਈਮ ਸ਼ਹੀਦਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਸੀਂ ਦੇਖ ਸਕਦੇ ਹੋ। ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਉਹ ਪਹੁੰਚੀ ਹੋਈ ਆ। ਸੋ ਇਹ ਕਾਰਜ ਇਸੇ ਕਰਕੇ ਇਹਨਾਂ ਦੀ ਅਹਿਮੀਅਤ ਕੀ ਆ, ਉਹ ਇਹੀ ਆ ਵੀ ਜਿਹੜੀਆਂ ਕੌਮਾਂ ਨੇ ਉਹ ਆਪਣੇ ਇਤਿਹਾਸ ਦੇ ਨਾਲ ਵਾਸਤਾ ਰਹਿਣ, ਉਹ ਆਪਣੇ ਇਤਿਹਾਸ ਨੂੰ ਯਾਦ ਰੱਖਣ, ਉਹ ਆਪਣੇ ਇਤਿਹਾਸ ਤੋਂ ਪਾਸੇ ਨਾ ਹੋਣ, ਇਤਿਹਾਸ ਤੋਂ ਮੁਨਕਰ ਨਾ ਹੋਣ, ਇਤਿਹਾਸ ਦੇ ਨਾਲ ਇਸੇ ਤਰ੍ਹਾਂ ਹੀ ਉਹ ਜੁੜੀਆਂ ਰਹਿਣ, ਇਤਿਹਾਸ ਦੇ ਬਾਰੇ ਗੱਲ ਕਰਦੇ ਰਹਿਣ। ਜੋ ਉਹਨਾਂ ਦੇ ਜੋ ਸੰਕਟ ਦੇ ਸਮੇਂ ਸੀ, ਉਸ ਸਮੇਂ ਦੇ ਵਿੱਚੋਂ ਕਿਵੇਂ ਪਾਰ ਨਿਕਲੇ, ਉਸ ਸਮੇਂ ਦੇ ਵਿੱਚ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਸਾਂਭਿਆ। ਸੋ ਪੂਰੀ ਜਿਹੜੀ ਸੇਧ ਆ ਉਹ ਕਿਸ ਤਰੀਕੇ ਦੇ ਨਾਲ ਲੈਣੀ ਆ, ਉਹ ਸਾਰੀ ਗੱਲਬਾਤ ਆਪਾਂ ਕਰਾਂਗੇ। ਆਪਣੇ ਨਾਲ ਸਿੰਘ ਸਾਹਿਬ ਨੇ ਗੱਲਬਾਤ ਕਰਦੇ ਆ। ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਅੱਜ ਜਿਹੜੀ ਸੰਗਤ ਦੇ ਵਿੱਚ ਉਤਸ਼ਾਹ ਸ਼ਰਧਾ ਦੇ ਨਾਲ ਪਾਤਸ਼ਾਹੀ ਰੈਲੀ ਦੇ ਵਿੱਚ ਸੰਗਤ ਪਹੁੰਚੀ ਆ, ਉਹਨੂੰ ਕਿਵੇਂ ਬਿਆਨ ਕਰੋਗੇ ਤੁਸੀਂ, ਕੀ ਮਹਿਸੂਸ ਕਰਦੇ ਹੋ? ਮਹਿਸੂਸ ਕਰਦੇ ਉਹਨਾਂ ਦਿਨਾਂ ਨੂੰ ਯਾਦ ਕਰਦੇ ਆ ਜੀ। ਭਾਵੇਂ ਸਾਡੇ ਉਹ ਜਨਮ ਤੋਂ ਪਹਿਲਾਂ 84 ਹੋਈ ਆ ਜੀ, ਪਰ ਜਦੋਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਆ ਉਦੋਂ ਸਾਰਿਆਂ ਦੇ ਦਿਲਾਂ ਨੂੰ ਉਹ ਚੀਜ਼ ਬਲੁੰਦੜੀ ਦੀ ਆ। ਜਿਵੇਂ ਆਪ ਜੀ ਨੇ ਦੇਖਿਆ ਛੋਟੇ ਛੋਟੇ ਬੱਚਿਆਂ ਨੇ ਉਹ ਕੀਤੀ ਆ, ਕਵਿਸ਼ਰੀ ਕੀਤੀ ਆ, ਹਨਾ, ਉਹਨਾਂ ਨੇ ਦੱਸਿਆ ਪ੍ਰੀਮੋਣ ਗੁਰਦੁਆਰਾ ਸਾਹਿਬ ਦੇ, ਹਨਾ। ਤਾਂ ਬਾਕੀ ਇਹੋ ਜਿਹੇ ਸਮਾਗਮ ਹੋਣੇ ਚਾਹੀਦੇ ਆ ਜਿਨ੍ਹਾਂ ਦੇ ਨਾਲ ਸਾਨੂੰ ਸਾਡੇ ਗੁਰੂ ਅਰਜਨ ਦੇਵ ਜੀ ਦਾ ਜਿਹੜੇ ਸਾਡੇ ਸ਼ਹੀਦ ਹੋਏ ਆ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਰਹਿਣ। ਤਾਂ ਦੇਖੋ ਕਿਹੋ ਜੀ ਸੈਨ ਫਰਾਂਸਿਸਕੋ ਸਿਟੀ ਟੂਰਿਸਟ ਸਿਟੀ ਆ, ਉਹਦੇ ਵਿੱਚ ਐਡਾ ਵੱਡਾ ਸਮਾਗਮ ਹੋਣਾ, ਇਹ ਬਹੁਤ ਵੱਡਾ ਮੈਸੇਜ ਆ, ਹਨਾ। ਬਸ ਇਹੀ ਆਪਾਂ ਕਹਾਂਗੇ ਵੀ ਗਾਂ ਤੋਂ ਵੀ ਵੱਧ ਚੜ ਕੇ ਇੱਥੇ ਪਹੁੰਚਿਆ ਕਰਨ ਸੰਗਤਾਂ, ਆਪਣਾ ਇਤਿਹਾਸ ਨਾ ਭੁੱਲੀਏ। ਇਹੋ ਜਿਹੇ ਸਮਾਗਮਾਂ ਨੇ ਇਤਿਹਾਸਾਂ ਨੂੰ ਉਜਾਗਰ ਕਰਾਉਣਾ। ਹਨਾ। ਤੁਸੀਂ ਕਿੱਥੋਂ ਪਹੁੰਚੇ ਹੋ? ਫਰੀਮੌਂਟ ਤੋਂ ਹੀ ਆ ਜੀ। ਫਰੀਮੌਂਟ, ਠੀਕ ਹੈ। ਸੋ ਫਰੀਮੌਂਟ ਤਾਂ ਬਹੁਤ ਵੱਡਾ ਗੁਰਦੁਆਰਾ ਸਾਹਿਬ ਆ, ਬਹੁਤ ਪੁਰਾਣਾ, ਸੰਗਤਾਂ ਉੱਥੇ ਦੂਰੋਂ ਦੂਰ ਆਉਂਦੀਆਂ ਨੇ। ਸੋ ਕੀ ਆਮ ਦਿਨਾਂ ਦੇ ਵਿੱਚ ਵੀ ਉੱਥੇ ਇਹਨਾਂ ਘੱਲੂਘਾਰਿਆਂ ਸੰਬੰਧੀ, ਇਹਨਾਂ ਦਿਹਾੜਿਆਂ ਨੂੰ ਲੈ ਕੇ, ਇਹਨਾਂ ਅਤਿਆਚਾਰਾਂ ਨੂੰ ਲੈ ਕੇ ਗੱਲਬਾਤ ਹੁੰਦੀ ਰਹਿੰਦੀ ਆ?
ਹਾਂਜੀ ਹਾਂਜੀ ਹੁੰਦੀ ਰਹਿੰਦੀ ਆ ਉੱਥੇ ਕਥਾਵਾਚਕ ਕੀਰਤਨੀਏ ਕਵਿਸ਼ਰੀ ਢਾਡੀ ਜਿਹੜੇ ਇਹੋ ਜਿਹੇ ਸਮਾਗਮਾਂ ਤੇ ਹੀ ਉਹ ਹਮੇਸ਼ਾ ਪ੍ਰੋਗਰਾਮ ਲੱਗਦੇ ਉੱਥੇ। ਜੀ ਜੀ ਹਾਂਜੀ ਉੱਥੇ ਯਾਨੀ 2 ਟਾਈਮ ਦੀ ਜਿਹੜੀ ਕਥਾ ਆ ਉਹਦੇ ਵਿੱਚ ਮਤਲਬ ਕਦੀ ਘੱਲੂਘਾਰਿਆਂ ਦਾ ਜ਼ਿਕਰ, ਹੁਣ ਜਿਹੜਾ ਚੱਲ ਰਿਹਾ ਪ੍ਰੋਗਰਾਮ ਸਮਾਗਮ ਫਰੀਮੌਂਟ ਦੇ ਵਿੱਚ ਉਹਦੇ ਸਾਰਾ ਸ਼ਹੀਦਾਂ ਨੂੰ ਹੀ ਚੱਲ ਰਿਹਾ। ਹੁਣ ਤਾਂ ਚੱਲ ਰਿਹਾ, ਅੱਗੇ ਪਿੱਛੇ ਵੀ ਚੱਲ ਰਿਹਾ, ਜ਼ਰੂਰੀ ਨਹੀਂ ਵੀ ਜੂਨ ਮਹੀਨੇ ਯਾਦ ਕੀਤਾ ਜਾਂਦਾ। ਫਰੀਮੌਂਟ ਗੁਰੂ ਘਰ ਤਾਂ ਹੈਗਾ ਹੀ ਸ਼ਹੀਦਾਂ ਦੇ ਨਾਂ ਤੇ ਆ, ਉਹਨੂੰ ਕਿਹਾ ਹੀ ਇਹ ਜਾਂਦਾ ਵੀ ਸ਼ਹੀਦਾਂ ਦੀ ਯਾਦ ਦੇ ਵਿੱਚ ਗੁਰੂ ਘਰ ਆ। ਉੱਥੇ ਹਮੇਸ਼ਾ ਸ਼ਹੀਦਾਂ ਦੀ, ਗੁਰੂਆਂ ਦੀ, ਸਾਰਿਆਂ ਦੀ ਗੱਲਬਾਤ ਹੁੰਦੀ ਰਹਿੰਦੀ ਆ। ਬਹੁਤ ਮਹਾਰਾਜ ਚੜ੍ਹਦੀ ਕਲਾ ਇੱਥੇ ਰੱਖਣ। ਜੀ ਜੀ ਬਿਲਕੁਲ, ਬਹੁਤ ਧੰਨਵਾਦ ਸਿੰਘ ਸਾਹਿਬ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਸੋ ਇਸੇ ਤਰ੍ਹਾਂ ਆਪਾਂ ਸੰਗਤ ਦੇ ਨਾਲ ਜਿਹੜੀ ਗੱਲਬਾਤ ਆ ਉਹ ਕਰਦੇ ਚੱਲਾਂਗੇ। ਆਪਣੇ ਨਾਲ ਇੱਕ ਹੋਰ ਜੁੜੇ ਨੇ ਸਿੰਘ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਆ ਜੀ ਤੁਹਾਡਾ? ਮੇਰਾ ਨਾਮ ਸੁਰਿੰਦਰ ਸਿੰਘ ਵੜੈਚ। ਸੁਰਿੰਦਰ ਸਿੰਘ ਵੜੈਚ ਸਾਹਿਬ, ਕਿੱਥੋਂ ਪਹੁੰਚੇ ਹੋ ਨਗਰ ਸੈਨ ਫਰਾਂਸਿਸਕੋ? ਅਸੀਂ ਕਿੱਥੋਂ ਪਹੁੰਚੇ ਹੋ? ਮਤਲਬ ਕਿਹੜੀ ਥਾਂ ਤੋਂ ਆਏ ਹੋ? ਅਸੀਂ ਪਹਿਲਾਂ ਤਾਂ ਇੰਗਲੈਂਡ ਸੀਗੇ ਰਹਿੰਦੇ, ਇੱਥੇ ਆਏ ਸਾਨੂੰ 47 ਸਾਲ ਹੋ ਗਏ। ਠੀਕ ਹੈ ਜੀ। ਤੇ ਕਲੂ ਸੇ ਰਹਿਣਾ ਮੈਂ ਅਸਲੀ ਕਰਤਾ। ਠੀਕ ਹੈ ਜੀ। ਤੇ ਕਿਵੇਂ ਮਹਿਸੂਸ ਹੁੰਦਾ ਤੁਹਾਨੂੰ ਇਹਨਾਂ ਨਗਰ ਕੀਰਤਨਾਂ ਦਾ ਹਿੱਸਾ ਬਣ ਕੇ ਜੀ? ਮਤਲਬ ਸੰਗਤ ਦਾ ਉਤਸ਼ਾਹ ਕਿਵੇਂ ਲੱਗਦਾ ਜੀ? ਬਹੁਤ ਅੱਗੇ ਨਾਲੋਂ ਬੈਟਰ ਆ, ਅੱਗੇ ਨਾਲੋਂ ਬਹੁਤ ਬੈਟਰ ਆ। ਅੱਗੇ ਨਾਲੋਂ ਜ਼ਿਆਦਾ ਮਤਲਬ ਸੰਗਤਾਂ ਪ੍ਰਪੇਅਰ ਹੋ ਗਈਆਂ। ਜੋ ਕੁਛ ਨਹੀਂ ਸਾਡੇ ਨਾਲ ਕੀਤਾ ਇਹ ਤਾਂ ਮਹਾਰਾਜ ਜਾਣਦਾ ਹੀ ਆ, ਸਾਰਿਆਂ ਨੂੰ ਪਤਾ ਹੀ ਆ। ਤੇ ਸੋ ਸਾਡੇ ਨਗਰ ਕੀਰਤਨ ਕੱਢਣ ਦਾ ਇਹੀ ਆ ਮਤਲਬ ਆ ਸਾਡਾ, ਕਿ ਸਾਨੂੰ ਚੇਤਾ ਨਾ ਸਾਡੀ ਜਨਰੇਸ਼ਨ ਨੂੰ ਭੁੱਲੇ ਕਿ ਅਸੀਂ ਸਾਡੇ ਨਾਲ ਕੀ ਹੋਇਆ। ਜੀ ਜੀ 84 ਦੇ ਵਿੱਚ। ਜੀ ਜੀ ਬਸ ਹੋਰ ਕੁਛ ਨਹੀਂ। ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਸੋ ਆਪਾਂ ਗੱਲਬਾਤ ਜਿਹੜੀ ਹੈ ਕਵਰੇਜ ਆ ਉਹ ਲਗਾਤਾਰ ਕਰ ਰਹੇ ਹਾਂ। ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਨਗਰ ਕੀਰਤਨ ਆਪਣੀ ਸ਼ਾਨ ਦੇ ਨਾਲ ਵਾਧਾ ਹੋਇਆ। ਸੋ ਆਪਾਂ ਇਸੇ ਤਰ੍ਹਾਂ ਨਾਲ ਜਿਹੜੀ ਕਵਰੇਜ ਆ ਉਹ ਤੁਹਾਡੇ ਤੱਕ ਪਹੁੰਚਾਉਂਦੇ ਚੱਲਾਂਗੇ। ਸੰਗਤ ਦੇ ਨਾਲ ਗੱਲਬਾਤ ਹੋਈ ਆ, ਸੰਗਤ ਦੇ ਵਿੱਚ ਬਹੁਤ ਉਤਸ਼ਾਹ। ਸੰਗਤ ਇਹ ਗੱਲ ਕਹਿ ਰਹੀ ਆ ਵੀ ਸਾਨੂੰ ਆਪਣੇ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਆ। ਸਵੇਰ ਤੋਂ ਹੀ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਜਿਹੜੀ ਸੰਗਤ ਆ ਉਹ ਸੈਨ ਫਰਾਂਸਿਸਕੋ ਦੇ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਸੀਗੀ, ਤੇ ਇਸ ਤੋਂ ਬਾਅਦ ਲਗਾਤਾਰ ਜਿਹੜਾ ਉਹ ਇੱਥੇ ਸੰਗਤ ਪਹੁੰਚਦੀ ਆ, ਅਰਦਾਸ ਹੁੰਦੀ ਆ, ਤੇ ਉਸ ਤੋਂ ਬਾਅਦ ਅਰਦਾਸ ਤੋਂ ਬਾਅਦ ਜਿਹੜਾ ਉਹ ਰਵਾਨਗੀ ਹੁੰਦੀ ਆ ਸਿਵਿਕ ਸੈਂਟਰ ਪਲਾਜ਼ਾ ਦੇ ਵੱਲ ਨੂੰ। ਤੇ ਸਿਵਿਕ ਸੈਂਟਰ ਪਲਾਜ਼ਾ ਦੇ ਬਾਅਦ ਜਿਹੜਾ ਆਪਾਂ ਉੱਥੇ ਪਹੁੰਚਣਾ, ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਸ ਟਾਈਮ ਜਿਹੜਾ ਨਗਰ ਕੀਰਤਨ ਬੜੀ ਸ਼ਾਨੋ ਸ਼ੌਕਤ ਦੇ ਨਾਲ ਅੱਗੇ ਨੂੰ ਵਾਧਾ ਹੋਇਆ। ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਉਹ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਦੀ ਹੋਈ। ਤੇ ਇਸ ਟਾਈਮ ਆਪਾਂ ਸੈਨ ਫਰਾਂਸਿਸਕੋ ਤੋਂ ਤੁਸੀਂ ਇਹ ਲਾਈਵ ਹੈ ਜਿਹੜਾ ਉਹ ਦੇਖ ਰਹੇ ਹੋ TV 84 ਦੇ ਉੱਤੇ ਤੇ ਪੰਜਾਬੀ ਰੇਡੀਓ USA ਦੇ ਉੱਤੇ, ਦੋਨਾਂ ਮੰਚਾਂ ਦੇ ਉੱਤੇ ਇਹ ਜਿਹੜਾ ਲਾਈਵ ਆ ਪ੍ਰੋਗਰਾਮ ਦੇਖਿਆ ਜਾ ਸਕਦਾ। ਸੋ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਇੱਥੇ ਪਹੁੰਚੀ ਹੋਈ ਆ। ਇਸੇ ਤਰੀਕੇ ਦੇ ਨਾਲ ਆਪਾਂ ਕੋਸ਼ਿਸ਼ ਕਰਾਂਗੇ ਹੋਰਾਂ ਜਿਹੜੇ ਸਿੰਘ ਸਾਹਿਬ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ, ਤੇ ਆਪਾਂ ਉਹਨਾਂ ਦੇ ਨਾਲ ਵੀ ਜਿਹੜਾ ਰਾਬਤਾ ਉਹ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਵੱਖ-ਵੱਖ ਥਾਵਾਂ ਤੋਂ ਜਿਹੜੀ ਸੰਗਤ ਆ ਉਹ ਇੱਥੇ ਸਾਡੇ ਨਾਲ ਪਹੁੰਚੀ ਹੋਈ ਆ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਹੋਰ ਸੰਗਤ ਦੇ ਨਾਲ ਵੀ ਗੱਲਬਾਤ ਕਰਨ ਦੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸ ਥਾਂ ਤੋਂ ਆਏ ਹੋ ਤੁਸੀਂ ਇੱਥੇ? ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਪੁਰਬ ਨੂੰ ਮਨਾਉਂਦਿਆਂ ਹੋਇਆਂ ਤੇ ਜੂਨ 84 ਦੇ ਸ਼ਹੀਦਾਂ ਨੂੰ ਮਨਾਉਂਦਿਆਂ ਹੋਇਆਂ ਇੱਥੇ ਸੰਗਤ ਇਕੱਠੀ ਹੋਈ ਆ। ਤੇ ਦਾਸ ਦਾ ਨਾਮ ਜਗਦੇਵ ਸਿੰਘ ਆ। ਫਰੀਮੌਂਟ ਤੋਂ ਆਪਾਂ 20 ਸਾਲ ਤੋਂ ਆਪਾਂ ਇੱਥੇ ਰਹਿ ਰਹੇ ਆ, ਗੁਰੂ ਘਰ ਸੇਵਾ ਕਰਦੇ ਆ, ਗੁਰਬਾਣੀ ਦੀ ਸੰਥਿਆ ਕਰਾਉਂਦੇ ਆ। ਹਾਂਜੀ ਤੇ ਬੜੇ ਉਤਸ਼ਾਹ ਨਾਲ ਨਗਰ ਕੀਰਤਨ ਮਨਾਇਆ ਜਾ ਰਿਹਾ ਜੀ। ਬਿਲਕੁਲ, ਤੇ ਸਾਰਿਆਂ ਨੂੰ ਜੀ ਆਇਆਂ ਜੀ। ਜੀ ਧੰਨਵਾਦ ਤੁਹਾਡਾ। ਅੱਜ ਫਰੀਮੌਂਟ ਗੁਰਦੁਆਰਾ ਸਾਹਿਬ ਦੇ ਜਿਹੜੇ ਬੱਚੇ ਨੇ ਉਹਨਾਂ ਨੇ ਕਵਿਸ਼ਰੀ ਬਹੁਤ ਸੋਹਣੀ ਗਾਈ ਆ। ਕਵਿਸ਼ਰੀ ਬਹੁਤ ਸੋਹਣੀ ਗਾਈ, ਹਾਂਜੀ। ਮਹਾਂਪੁਰਸ਼ਾਂ ਨੂੰ ਯਾਦ ਕਰਦੇ ਆ। ਹਾਂਜੀ। ਸੋ ਕੀ ਇਸੇ ਤਰ੍ਹਾਂ ਹੀ ਕਲਾਸਾਂ ਚੱਲਦੀਆਂ ਨੇ? ਸਾਰਾ ਕੁਝ ਇਸੇ ਤਰ੍ਹਾਂ ਬੱਚਿਆਂ ਨੂੰ ਸਿਖਾਇਆ ਜਾਂਦਾ, ਬਕਾਇਦਾ ਕੰਠ ਕਰਾਇਆ ਜਾਂਦਾ? ਹਾਂਜੀ, ਗੁਰਬਾਣੀ ਦੀਆਂ ਕਲਾਸਾਂ ਲੱਗਦੀਆਂ ਨੇ, ਗੱਤਕੇ ਦੀਆਂ ਕਲਾਸਾਂ ਲੱਗਦੀਆਂ ਫਰੀਮੌਂਟ ਗੁਰੂ ਘਰ। ਤੇ ਜੋ ਕਮੇਟੀ ਦੇ ਬਹੁਤ ਸ਼ਲਾਘਾਯੋਗ ਜੋ ਕੰਮ ਆ ਉਹ ਕਰ ਰਹੇ ਆ। ਤੇ ਹਾਂਜੀ, ਇੱਥੇ ਵੀ ਸੰਗਤ ਬਹੁਤ ਪ੍ਰੇਮ ਪਿਆਰ ਨਾਲ ਨਗਰ ਕੀਰਤਨ ਮਨਾ ਰਹੇ ਆ। ਤੇ ਮਹਾਰਾਜ ਕਿਰਪਾ ਕਰੇ, ਖਾਲਸੇ ਦੀ ਚੜ੍ਹਦੀ ਕਲਾ ਹੋਵੇ। ਜੀ ਬਿਲਕੁਲ ਜੀ। ਸੋ ਇਸੇ ਤਰ੍ਹਾਂ ਕੌਮਾਂ ਜਿਹੜੀਆਂ ਇਤਿਹਾਸ ਯਾਦ ਰੱਖਦੀਆਂ ਨੇ, ਜਿਹੜੀਆਂ ਭੁੱਲ ਜਾਂਦੀਆਂ ਨੇ, ਉਹ ਕਿਵੇਂ ਆਪਾਂ ਉਹਨਾਂ ਨੂੰ ਦੇਖੀਏ? ਜਿਹੜੀਆਂ ਕੌਮਾਂ ਇਤਿਹਾਸ ਯਾਦ ਰੱਖਣਾ ਕਿੰਨਾ ਕੁ ਜ਼ਰੂਰੀ ਹੈ? ਬਹੁਤ ਜ਼ਿਆਦਾ ਜ਼ਰੂਰੀ ਆ ਜੀ। ਹਾਂਜੀ, ਤਾਂ ਹੀ ਆਪਾਂ ਜਾਗਦੇ ਰਵਾਂਗੇ ਤਾਂ ਨਗਰ ਕੀਰਤਨ ਹੁੰਦੇ ਰਹਿਣਗੇ ਤੇ ਕੌਮਾਂ ਜਾਗਦੀਆਂ ਰਹਿਣਗੀਆਂ। ਜੀ ਬਿਲਕੁਲ। ਸੋ ਕਿਵੇਂ ਲੱਗਦਾ ਸੰਗਤ ਦੇ ਵਿੱਚ ਇੰਨਾ ਉਤਸ਼ਾਹ ਦੇਖ ਕੇ, ਇੰਨਾ ਭਾਵਨਾ ਦੇਖ ਕੇ? ਬਹੁਤ ਵਧੀਆ ਲੱਗਦਾ ਜੀ। ਹਾਂਜੀ, ਸੰਗਤ ਬਹੁਤ ਦੂਰੋਂ ਆਈ ਹੋਈ ਆ ਤੇ ਬੜੇ ਪਿਆਰ ਨਾਲ ਜੋ ਹੈ ਨਗਰ ਕੀਰਤਨ ਵਿੱਚ ਹਾਜ਼ਰੀਆਂ ਲਵਾ ਰਹੀ ਆ ਸੰਗਤ। ਜੀ ਬਹੁਤ ਧੰਨਵਾਦ ਤੁਹਾਡਾ ਸਿੰਘ ਸਾਹਿਬ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਧੰਨਵਾਦ। ਆਪਣੇ ਨਾਲ ਫਰੀਮੌਂਟ ਗੁਰਦੁਆਰਾ ਸਾਹਿਬ ਤੋਂ ਸਿੰਘ ਸਾਹਿਬ ਜੁੜੇ ਹੋਏ ਸੀਗੇ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੋਈ ਆ। ਸੋ ਆਪਾਂ ਕੋਸ਼ਿਸ਼ ਕਰਾਂਗੇ ਹੋਰਨਾਂ ਲੋਕਾਂ ਦੇ ਨਾਲ ਵੀ ਇਸੇ ਤਰ੍ਹਾਂ ਗੱਲਬਾਤ ਜਿਹੜੀ ਹੈ ਕਰਨ ਦੀ, ਹੋਰਨਾਂ ਲੋਕਾਂ ਦੇ ਨਾਲ ਵੀ ਜੁੜਨ ਦੀ ਕੋਸ਼ਿਸ਼ ਕਰਾਂਗੇ। ਆਪਾਂ ਇਸੇ ਤਰ੍ਹਾਂ ਜਿਹੜੀ ਗੱਲਬਾਤ ਆ ਉਹ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਜੁੜੇ ਰਹੋ ਇਸੇ ਤਰ੍ਹਾਂ ਪੰਜਾਬੀ ਰੇਡੀਓ USA ਦੇ ਨਾਲ, ਪੰਜਾਬੀ TV USA ਦੇ ਨਾਲ ਜੀ। ਮੈਂ ਕਰ ਠੀਕ। ਸੋ ਆਪਾਂ ਬਹੁਤ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਉਹ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਦਾਖਲ ਹੋਣ ਜਾ ਰਹੇ ਹਾਂ। ਕੁਝ ਹੀ ਸਮੇਂ ਦੇ ਵਿੱਚ, ਕੁਝ ਮਿੰਟ ਬੱਚੇ ਨੇ। ਰਾਜਕਰਮਵੀਰ ਸਿੰਘ ਜੀ ਆਪਾਂ ਨੂੰ ਇੱਕ ਵਾਰ ਫਿਰ ਤੋਂ ਜੁਆਇਨ ਕਰਨਗੇ। ਜੀ ਆਇਆਂ ਨੂੰ ਜੀ ਇੱਕ ਵਾਰੀ ਫਿਰ ਤੋਂ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਸੋ ਆਪਾਂ ਪ੍ਰਵੀਨ ਜੀ ਜਿੱਥੋਂ ਟਰਨ ਲੈਣਾ ਆ ਮਾਰਕੀਟ ਸਟਰੀਟ ਤੋਂ, ਉੱਥੇ ਆਪਾਂ ਪਹੁੰਚ ਚੁੱਕੇ ਹਾਂ। ਸੋ ਸੰਗਤਾਂ ਦਾ ਠਾਠਾ ਮਾਰਦਾ ਇਕੱਠਾ ਤੁਸੀਂ ਦੇਖ ਸਕਦੇ ਆ। ਪਿਛਲੇ ਕਈ 1-2 ਬਲਾਕ ਤੱਕ ਜਿਹੜੀ ਸੰਗਤ ਆ ਉਹ ਪਿੱਛੇ ਗੁਰੂ ਸਾਹਿਬ ਦੀ ਪਾਲਕੀ ਦੇ ਪਿੱਛੇ ਆ ਰਹੀ ਆ। ਸੋ ਸੰਗਤਾਂ ਨੇ ਬਹੁਤ ਹੀ ਜ਼ਿਆਦਾ ਡਿਸਪਲਿਨ ਦੇ ਨਾਲ ਇਸ ਵਾਰ ਜਿਹੜਾ ਉਹ ਕੰਮ ਕਰ ਰਹੇ। ਸੋ ਬਹੁਤ ਚੰਗੀ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਗੱਲ ਆ। ਸੋ ਕੁਛ ਹੀ ਪਲਾਂ ਦੇ ਵਿੱਚ ਆਪਾਂ ਜਿਹੜਾ ਆ ਤੁਹਾਡੇ ਨਾਲ ਆਪਾਂ ਜਿਹੜਾ ਤੁਹਾਨੂੰ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਲੈ ਚੱਲਣਾ ਆ। ਉੱਥੇ ਆਪਾਂ ਪਹੁੰਚ ਜਾਣਾ ਆ। ਕੁਛ ਹੀ ਮਿੰਟਾਂ ਦੇ ਵਿੱਚ ਆਪਾਂ ਜਿਹੜਾ ਉੱਥੇ ਪਹੁੰਚਾਂਗੇ। ਆਪਾਂ ਦੇਖ ਸਕਦੇ ਹਾਂ ਵੀ ਚਾਹੇ ਬੱਚੇ ਨੇ, ਚਾਹੇ ਬਜ਼ੁਰਗ ਨੇ, ਚਾਹੇ ਬੀਬੀਆਂ ਨੇ, ਉਹ ਸਾਰੇ ਜਾਣੇ ਇਸ ਜਿਹੜੇ ਨਗਰ ਕੀਰਤਨ ਦੇ ਵਿੱਚ ਪਾਤਸ਼ਾਹੀ ਰੈਲੀ ਦੇ ਵਿੱਚ ਆ ਕੇ ਜਿਹੜੇ ਆ ਉਹ ਸੰਗਤ ਜਿਹੜੀ ਉਹ ਪਹੁੰਚੀ ਹੋਈ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਨਾਮ? ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ। ਗੁਰਪ੍ਰੀਤ ਸਿੰਘ ਜੀ, ਤੁਸੀਂ ਪਾਤਸ਼ਾਹੀ ਰੈਲੀ 'ਚ ਪਹੁੰਚੇ ਆ, ਕਿਵੇਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਜੀ, ਬਹੁਤ ਗੁਰੂ ਸਾਹਿਬ ਦੀ ਕਿਰਪਾ ਆ ਜੀ। ਇੱਥੇ ਇੰਨੀ ਸੰਗਤ ਇਕੱਠੀ ਹੋਈ ਆ, ਇਹ ਹਰ ਸਾਲ ਹੀ ਹੁੰਦੀ ਆ। ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਆਨੰਦ ਆ ਜੀ। ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਭਾਜੀ ਮਾਰਟੀਨਸ ਤੋਂ ਆਏ ਆ ਜੀ। ਮਾਰਟੀਨਸ ਤੋਂ? ਹਾਂਜੀ ਹਾਂਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਆਪਾਂ ਦੇਖ ਰਹੇ ਹਾਂ ਵੀ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਆ, ਸੰਗਤ ਆ ਉਹ ਪਹੁੰਚੀ। ਵੀਰ ਜੀ ਕੀ ਨਾਮ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਤੁਹਾਡਾ? ਵਿਕਰਮਜੀਤ ਸਿੰਘ। ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਟ੍ਰੇਸੀ ਤੋਂ ਆਏ ਆ ਜੀ। ਕੀ ਬਾਤ ਹੈ। ਕਿਵੇਂ ਲੱਗ ਰਿਹਾ ਹੈ ਪਾਤਸ਼ਾਹੀ ਰੈਲੀ ਚ ਆ ਕੇ? ਵਧੀਆ ਤਾਂ ਨਹੀਂ ਲੱਗ ਰਿਹਾ ਸਾਨੂੰ, ਕਿਉਂਕਿ ਜੋ ਸਾਡੇ ਨਾਲ ਬੀਤਿਆ ਆ ਇਹ ਅਸੀਂ ਇਹਨੂੰ ਵਧੀਆ ਨਹੀਂ ਕਹਿ ਸਕਦੇ। ਪਰ ਇਹ ਕਿਉਂ ਜ਼ਰੂਰੀ ਹੈ ਤੁਹਾਨੂੰ ਲੱਗਦਾ ਹੈ? ਜ਼ਰੂਰੀ ਸਾਡੇ ਲਈ ਜੋ ਸਾਡੇ ਨਾਲ 1984 ਦੇ ਵਿੱਚ ਹੋਇਆ ਆ, ਜੋ 1984 ਸਾਡੇ ਨਾਲ ਹੋਇਆ ਆ, ਵਾਹਿਗੁਰੂ ਯਾਦ ਕਰਨਾ, ਉਹਨੂੰ ਯਾਦ ਕਰਨਾ। ਹਾਂਜੀ, ਸ਼ਹੀਦਾਂ ਨੂੰ ਯਾਦ ਕਰਨਾ ਜਿਹੜਾ ਹੈ। ਯਾਦ ਕਰਨਾ। ਹਾਂਜੀ, ਬਹੁਤ ਧੰਨਵਾਦ ਜੀ। ਸੋ ਛੋਟੇ ਬੱਚਿਆਂ ਦੇ ਨਾਲ ਵੀ, ਸਟੋਲਰਸ ਦੇ ਨਾਲ ਵੀ ਜਿਹੜੇ ਆ ਉਹ ਬੱਚੇ ਦੇ ਨਾਲ ਜਿਹੜਾ ਉਹ ਇਸ ਟਾਈਮ ਪਹੁੰਚੇ ਹੋਏ ਆ। ਸੋ ਆਪਾਂ ਆਓ ਹੋਰ ਸੰਗਤਾਂ ਦੇ ਨਾਲ ਵੀ ਜਿਹੜੀ ਉਹ ਗੱਲਬਾਤ ਜਿਹੜੀ ਉਹ ਕਰਾਂਗੇ। ਹਾਂਜੀ, ਕੀ ਨਾਮ ਹੈ ਜੀ? ਕਿਹੜੀ ਜਗ੍ਹਾ ਤੋਂ ਆਏ ਹੋ? ਫਰੀਮੌਂਟ ਤੋਂ ਲਵਪ੍ਰੀਤ। ਲਵਪ੍ਰੀਤ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿਣਾ ਚਾਹੁੰਦੇ ਜੈਨੋਸਾਈਡ ਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ। ਜਿਹੜੀ ਸਾਡੇ ਨਾਲ ਜੈਨੋਸਾਈਡ ਹੋਈ ਹੈ ਇੰਡੀਆ ਦੇ ਵਿੱਚ, ਉਹਦਾ ਇਨਸਾਫ ਮਿਲਣਾ ਚਾਹੀਦਾ। ਹੁਣ ਤੱਕ ਇਨਸਾਫ ਨਹੀਂ ਹੋਇਆ ਤੇ 4 ਦਹਾਕੇ ਹੋ ਗਏ, 5 ਦਹਾਕੇ, ਸਾਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ। ਉਹਦਾ ਇਨਸਾਫ ਮਿਲਣਾ ਚਾਹੀਦਾ ਸਾਨੂੰ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ। ਮਾਤਾ ਜੀ ਕੀ ਨਾਮ ਹੈ ਤੁਹਾਡਾ? ਆ ਜਾਓ, ਤੁਰੇ ਆਓ ਨਾਲ। ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ? ਯੂਬਾ ਸਿਟੀ ਤੋਂ। ਕਿਵੇਂ ਮਹਿਸੂਸ ਕਰ ਰਹੇ ਹੋ ਸ਼ਹੀਦਾਂ ਦੀ ਯਾਦ 'ਚ ਜੋ ਨਗਰ ਕੀਰਤਨ ਹੋ ਰਿਹਾ? ਸ਼ਹੀਦਾਂ ਦੀ ਯਾਦ 'ਚ ਜੋ ਨਗਰ ਕੀਰਤਨ ਹੋ ਰਿਹਾ, ਕਿਵੇਂ ਦੇਖਦੇ ਹੋ? ਹਾਂਜੀ, ਬਹੁਤ ਦੁੱਖ ਆਏਗਾ। ਹਾਂਜੀ ਮਾਤਾ ਜੀ, ਕੀ ਨਾਮ ਹੈ ਜੀ? ਮਨਜੀਤ ਕੌਰ। ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਦਿਨ ਤੇ? ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿੰਨਾ ਸਿੰਘਾਂ ਦੇ ਨਾਲ, 84 ਦੇ ਸਿੰਘਾਂ ਦੇ ਨਾਲ, ਹੋਣ ਦੇ ਸਿੰਘਾਂ ਦੇ ਅੱਜ ਤੱਕ ਹੋ ਰਿਹਾ ਆ, ਇਹਦਾ ਨਹੀਂ ਹੋਣਾ ਚਾਹੀਦਾ। ਅਸੀਂ ਸਰਕਾਰਾਂ ਨੂੰ ਮੰਗ ਕਰਦੇ, ਸਾਡੇ ਜਿਹੜੇ ਸ਼ਹੀਦ ਸਿੰਘ ਨੇ ਉਹਨਾਂ ਦੇ ਖੂਨ ਦਾ ਮੁੱਲ ਪਾਇਆ ਜਾਵੇ, ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ। ਅਸੀਂ ਆਪਣੇ ਸਿੰਘਾਂ ਦੇ ਨਾਲ ਆ, ਅੱਜ ਵੀ ਆ, ਅਸੀਂ ਪਹਿਲਾਂ ਵੀ ਸਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਦਾਂ ਤੁਸੀਂ ਦੇਖ ਰਹੇ ਹੋ ਵੀ ਸਾਰੇ ਜਾਣੇ ਸੰਗਤਾਂ ਜਿਹੜੀਆਂ ਆ ਉਹ ਇਸ ਤਰੀਕੇ ਦੇ ਨਾਲ ਜਿਹੜਾ ਚੱਲ ਰਹੇ ਆ। ਸੋ ਸੰਗਤਾਂ ਲਗਾਤਾਰ ਉਧਰ ਨੂੰ ਪਹੁੰਚ ਰਹੇ ਆ। ਸੋ ਕੁਛ ਹੀ ਮਿੰਟਾਂ ਦੇ ਵਿੱਚ ਆਪਾਂ ਜਿਹੜਾ ਇਹ
ਨਗਰ ਕੀਰਤਨ ਜੋ ਹੈ ਉਹ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਜਿਹੜਾ ਪਹੁੰਚ ਜਾਵੇਗਾ। ਸੋ ਜਿਹੜੇ ਅਜੇ ਵੀ ਦੇਖ ਰਹੇ ਨੇ ਘਰਾਂ ਦੇ ਵਿੱਚ, ਜੇ ਤੁਸੀਂ ਸੈਨ ਫਰਾਂਸਿਸਕੋ ਦੇ ਨਜ਼ਦੀਕ ਰਹਿੰਦੇ ਹੋ ਤਾਂ ਆਪਾਂ ਤੁਹਾਨੂੰ ਬੇਨਤੀ ਕਰਦੇ ਹਾਂ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਜਿਹੜਾ ਉਹ ਤੁਸੀਂ ਪਹੁੰਚੋ ਤੇ ਆ ਕੇ ਜਿਹੜੇ ਬੁਲਾਰੇ ਆਏ ਆ ਉਹਨਾਂ ਦੇ ਜਿਹੜੇ ਬਚਨ ਆ, ਉਹਨਾਂ ਦੀਆਂ ਜਿਹੜੀਆਂ ਗੱਲਾਂ ਆ, ਤਕਰੀਰਾਂ ਆ, ਉਹਨਾਂ ਨੂੰ ਆ ਕੇ ਜਿਹੜਾ ਉਹ ਸੁਣੋ। ਇਸ ਵਾਰ 6 ਬੁਲਾਰਿਆਂ ਦੇ ਵਿੱਚੋਂ 3 ਬੁਲਾਰੇ ਜਿਹੜੇ ਆ ਉਹ ਬੀਬੀਆਂ ਨੇ, ਸਾਡੀਆਂ ਭੈਣਾਂ ਨੇ। ਕੁਝ ਐਡਵੋਕੇਟ ਉਹ ਵੀ ਜੋ ਪੜ੍ਹੇ ਲਿਖੇ ਨੌਜਵਾਨ ਨੇ ਉਹ ਵੀ ਇਸ ਵਾਰ ਤਕਰੀਰਾਂ ਦੇਣ ਦੇ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਆ। ਅਕਸਰ ਇਹ ਆਖਿਆ ਜਾਂਦਾ ਆ ਕਿ ਨੌਜਵਾਨਾਂ ਦੇ ਹੱਥ ਬਾਗ ਦੌੜ ਉਹ ਫੜਾਉਣੀ ਚਾਹੀਦੀ ਆ। ਸੋ ਇੱਥੋਂ ਇਹ ਪਤਾ ਲੱਗਦਾ ਆ ਵੀ ਕਿਸ ਤਰੀਕੇ ਦੇ ਨਾਲ ਨੌਜਵਾਨ ਵੀ ਅੱਗੇ ਵੱਧ ਚੜ੍ਹ ਕੇ ਇਹਨਾਂ ਸਮਾਗਮਾਂ ਦੇ ਵਿੱਚ ਸ਼ਿਰਕਤ ਕਰ ਰਹੇ ਆ, ਉਹ ਇਹਦੇ ਵਿੱਚ ਹਿੱਸਾ ਲੈ ਰਹੇ ਹੈਗੇ ਆ। ਸੋ ਪ੍ਰਵੀਨ ਜੀ, ਆਪਾਂ ਦੇਖ ਰਹੇ ਹਾਂ ਵੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਤੇ ਕਿਵੇਂ ਜਿਹੜਾ ਸ਼ਹੀਦਾਂ ਨੂੰ ਯਾਦ ਕਰਨਾ ਇਹ ਕਿੰਨਾ ਇੰਪੋਰਟੈਂਟ ਆ, ਕਿੰਨਾ ਇਹ ਮਹੱਤਤਾ ਰੱਖਦਾ ਆ। ਸੋ ਇਹ ਅਜਿਹੀਆਂ ਇੰਪੋਰਟੈਂਟ ਥਾਵਾਂ ਦੇ ਉੱਤੇ, ਅਜਿਹੀਆਂ ਸ਼ਹਿਰਾਂ ਦੇ ਵਿੱਚ ਜਦੋਂ 5 ਨਿਸ਼ਾਨਚੀ, 5 ਪਿਆਰੇ, ਗੁਰੂ ਮਹਾਰਾਜ ਦੀ ਜਿਹੜੀ ਭੀੜ ਆ ਉਹਦੇ ਪਿੱਛੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜਦੋਂ ਜਾਂਦਾ ਆ, ਸੋ ਬੜਾ ਭਾਵੁਕਤਾ ਦਾ ਜਿਹੜਾ ਇਹ ਅਹਿਸਾਸ ਹੁੰਦਾ ਆ। ਤੇ ਇੱਥੋਂ ਇਹ ਵੀ ਪਤਾ ਲੱਗਦਾ ਵੀ ਇਹ ਜਿਹੜੀ ਸੰਗਤ ਆ, ਜੋ ਸਿੱਖ ਕੌਮ ਆ, ਉਹਨਾਂ ਸ਼ਹੀਦਾਂ ਨੂੰ ਹਮੇਸ਼ਾ ਮਨ 'ਚ ਵਸਾ ਕੇ ਰੱਖਿਆ। ਬਿਲਕੁਲ। ਦੇਖੋ, ਇਹਨਾਂ ਪਲਾਂ ਨੂੰ ਜੇ ਤੁਸੀਂ ਅਧਿਆਤਮਿਕ ਤੌਰ ਤੇ ਮੰਨਣਾ ਹੋਵੇ ਤਾਂ ਇਹਨਾਂ ਦੇ ਕੋਈ ਸ਼ਬਦ ਹੀ ਹੈ ਨਹੀਂਗਾ। ਇਹਨਾਂ ਨੂੰ ਡਿਫਾਈਨ ਕਰਨਾ ਹੀ ਔਖਾ ਹੈ ਅਧਿਆਤਮਿਕ ਲੈਵਲ ਤੇ, ਜੇ ਇਹਨਾਂ ਨੂੰ ਤੁਸੀਂ ਮੰਨਣ ਦੀ ਗੱਲ ਕਰਦੇ ਹੋ। ਔਰ ਸਿੱਖ ਕੌਮ ਦੇ ਹਿੱਸੇ ਇਹ ਆਇਆ ਵੀ ਗੁਰੂ ਦੇ ਓਟ ਆਸਰੇ ਨਾਲ ਕਿਵੇਂ ਅੱਗੇ ਵਧਣਾ ਤੇ ਕਿਵੇਂ ਖਾਸ ਦਿਨਾਂ ਦੇ ਉੱਤੇ ਮਹਾਰਾਜ ਦੀ ਆਸਰਾ ਲੈ ਕੇ, ਮਹਾਰਾਜ ਦੀ ਅਗਵਾਈ ਦੇ ਵਿੱਚ ਉਹਨਾਂ ਦਿਨਾਂ ਦੀ ਅਹਿਮੀਅਤ ਨੂੰ ਸਮਝਦਿਆਂ ਉਹਨਾਂ ਨੂੰ ਅਗਲੀਆਂ ਜਨਰੇਸ਼ਨ ਤੱਕ ਪਹੁੰਚਾਉਣਾ, ਇਹ ਸਿੱਖ ਕੌਮ ਦੇ ਹਿੱਸੇ ਆਇਆ। ਔਰ ਇਹ ਮਾਣਮੱਤਾ ਵਿਰਸਾ ਸਾਡਾ ਸਾਰਿਆਂ ਦਾ, ਸਾਨੂੰ ਇਹ 'ਤੇ ਮਾਣ ਕਰਨਾ ਚਾਹੀਦਾ। ਔਰ ਇਹ ਉਦੋਂ ਹੋਰ ਵੀ ਜ਼ਰੂਰੀ ਹੋ ਜਾਂਦਾ ਜਦੋਂ ਤੁਸੀਂ ਇੱਕ ਦੂਜੇ ਮੁਲਕ ਦੇ ਵਿੱਚ ਇੱਕ ਉਸ ਭਾਈਚਾਰੇ ਦੇ ਰੂਪ ਦੇ ਵਿੱਚ ਰਹਿੰਦੇ ਜਿਹਦੀ ਗਿਣਤੀ ਬਹੁਤ ਘੱਟ ਹੈ, ਔਰ ਜਿੱਥੇ ਤੁਸੀਂ ਆਪਣੇ ਸੰਘਰਸ਼ਾਂ ਲਈ, ਆਪਣੇ ਹੱਕਾਂ ਦੇ ਲਈ ਜਦੋਜਹਿਦ ਕਰਦੇ ਹੋ, ਉਸ ਜ਼ੁਲਮ ਦੀ ਗੱਲ ਕਰਦੇ ਹੋ, ਉਸ ਸਰਕਾਰ ਨੂੰ ਐਕਸਪੋਜ਼ ਕਰਦੇ ਹੋ, ਤਾਂ ਉਹ ਵੀ ਜਿਹੜਾ ਕੁਝ ਕਰਦੇ ਹੋ ਤੁਸੀਂ ਆਪਦੇ ਗੁਰੂ ਦੀ ਅਗਵਾਈ ਦੇ ਵਿੱਚ ਕਰਦੇ ਹੋ। ਉਹ ਜਿਹੜਾ ਇਸ ਟਾਈਮ ਬਹੁਤ ਵੱਡੀ ਅਹਿਮੀਅਤ ਰੱਖਦਾ। ਬਹੁਤ ਵੱਡੀ ਗੱਲ ਆ ਇਹ, ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਉਹ ਅੱਗੇ ਵਧਦੀਆਂ ਨੇ, ਬਹੁਤ ਵਧੀਆ ਤਰੀਕੇ ਦੇ ਨਾਲ ਉਹ ਜਿਹੜੀਆਂ ਚੀਜ਼ਾਂ ਨੇ ਉਹ ਅੱਗੇ ਵਧਦੀਆਂ ਨੇ। ਬਹੁਤ ਜਿਹੜਾ ਉਹ ਜੀ। ਸੋ ਆਪਾਂ ਜਿਹੜੀ ਗੱਲਬਾਤ ਆ ਉਹ ਕਰ ਰਹੇ ਸੀਗੇ ਅਹਿਮੀਅਤ ਦੇ ਬਾਰੇ। ਅਹਿਮੀਅਤ ਬਹੁਤ ਜ਼ਿਆਦਾ ਆ। ਇਸ ਟਾਈਮ ਆਪਾਂ ਕੁਝ ਹੀ ਮਿੰਟਾਂ ਦੇ ਵਿੱਚ ਜਿਹੜਾ ਉਹ ਸੈਨ ਫਰਾਂਸਿਸਕੋ ਦੇ ਵਿੱਚ ਦਾਖਲ ਹੋਣ ਜਾਵਾਂਗੇ। ਤੁਸੀਂ ਇਸ ਟਾਈਮ ਲਾਈਵ ਜਿਹੜਾ ਉਹ ਦੇਖ ਰਹੇ ਹੋ। ਲਾਈਵ ਇਸ ਟਾਈਮ ਜਿਹੜਾ ਉਹ ਸੈਨ ਫਰਾਂਸਿਸਕੋ ਤੋਂ ਚੱਲ ਰਿਹਾ। ਸਾਰੀ ਸੰਗਤ ਜਿਹੜੀ ਆ ਉਹ ਗੁਰੂ ਸਾਹਿਬ ਦੇ ਓਟ ਆਸਰੇ ਦੇ ਨਾਲ ਅੱਗੇ ਵਧਦੀ ਹੋਈ। ਬਹੁਤ ਠਾਠਾ ਮਾਰਦਾ ਜਿਹੜਾ ਇਕੱਠ ਹੈ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਉਹ ਪਹੁੰਚ ਰਹੀ ਆ ਤੇ ਲਗਾਤਾਰ ਤੁਸੀਂ ਇਹਦੀ ਜਿਹੜੀ ਕਵਰੇਜ ਆ ਉਹ ਪੰਜਾਬੀ DSA ਦੇ ਨਾਲ ਪੰਜਾਬੀ TV 84 TV ਤੇ ਜਿਹੜਾ ਉਹ ਦੇਖ ਰਹੇ ਹੋ। ਸੋ ਪੰਜਵੇਂ ਪਾਤਸ਼ਾਹ ਪਾਤਸ਼ਾਹੀ ਰੈਲੀ 2026 ਇਸ ਟਾਈਮ ਲਾਈਵ ਤੁਸੀਂ ਦੇਖ ਰਹੇ ਹੋ। ਲਾਈਵ ਇਸ ਟਾਈਮ ਸੈਨ ਫਰਾਂਸਿਸਕੋ ਤੋਂ ਪਾਤਸ਼ਾਹੀ ਰੈਲੀ
ਨਗਰ ਕੀਰਤਨ ਤੇ ਪਾਤਸ਼ਾਹੀ ਰੈਲੀ ਜਿਹੜੀ ਆ ਉਹ ਲਾਈਵ ਤੁਸੀਂ ਦੇਖ ਸਕਦੇ ਹੋ। ਤੇ ਆਪਾਂ ਥੋੜੀ ਸਮੇਂ ਦੇ ਵਿੱਚ ਕੁਝ ਹੀ ਮਿੰਟਾਂ ਦੇ ਵਿੱਚ ਜਿਹੜਾ ਉਹ ਦਾਖਲ ਹੋਣ ਜਾ ਰਹੇ ਹਾਂ ਸੈਨ ਫਰਾਂਸਿਸਕੋ ਦੇ ਵਿੱਚ, ਸੈਨ ਫਰਾਂਸਿਸਕੋ ਦੇ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ, ਜਿੱਥੇ ਤਕਰੀਰਾਂ ਹੋਣਗੀਆਂ, ਜਿੱਥੇ ਬਕਾਇਦਾ ਭਾਸ਼ਣ ਹੋਣਗੇ ਔਰ ਇਸ ਜ਼ੁਲਮ ਬਾਰੇ ਦੱਸਿਆ ਜਾਊਗਾ, ਸ਼ਹੀਦਾਂ ਨੂੰ ਯਾਦ ਕੀਤਾ ਜਾਊਗਾ। ਸੋ ਲਾਈਵ ਇਸ ਟਾਈਮ ਆਪਾਂ ਦੇਖ ਸਕਦੇ ਇਸ ਦੀ ਸ਼ੁਰੂਆਤ ਅੱਜ ਤੋਂ ਕੁਝ ਸਾਲ ਪਹਿਲਾਂ ਹੋਈ ਸੀ, ਜਦੋਂ ਇਹ ਮਹਿਸੂਸ ਕੀਤਾ ਗਿਆ ਸੀ ਕਿ ਜਿਹੜੀ ਸਿੱਖ ਦੀ ਗੱਲ ਆ ਉਹ ਅਮਰੀਕਾ ਦੇ ਕਿਸੇ ਵੱਡੇ ਥਾਂ ਤੋਂ ਜਿਹੜਾ ਉਹ ਸਰਕਾਰ ਦੇ ਕੰਨਾਂ ਦੇ ਵਿੱਚ ਪਾਈ ਜਾਵੇ। ਸੋ ਲਾਈਵ ਇਸ ਟਾਈਮ ਆਪਾਂ ਤੁਸੀਂ ਦੇਖ ਰਹੇ ਹੋ ਸਾਨੂੰ, ਤੇ ਸੰਗਤ ਜਿਹੜੀ ਆ ਉਹ ਵੱਖ-ਵੱਖ ਫਲੋਟਾਂ ਦੇ ਉੱਤੇ, ਵੱਖ-ਵੱਖ ਸਵਾਰੀਆਂ ਦੇ ਉੱਤੇ ਜਿਹੜਾ ਉਹ ਚੜ੍ਹ ਕੇ ਤੇ ਸਿਵਿਕ ਸੈਂਟਰ ਵੱਲ ਨੂੰ ਵਧ ਰਹੀ ਆ, ਮੂਰੇ ਗੁਰੂ ਮਹਾਰਾਜ ਦੀ ਅਗਵਾਈ ਦੇ ਵਿੱਚ। ਤੇ ਬੜੇ ਸ਼ਾਨੋ ਸ਼ੌਕਤ ਦੇ ਨਾਲ ਇਹ ਜਿਹੜਾ ਨਗਰ ਕੀਰਤਨ ਪਾਤਸ਼ਾਹੀ ਰੈਲੀ ਆ ਸੈਨ ਫਰਾਂਸਿਸਕੋ ਦੇ ਵਿੱਚ ਉਹ ਅੱਗੇ ਨੂੰ ਵਧ ਰਹੀ ਆ, ਕੇਸਰੀ ਝੰਡਿਆਂ ਦੇ ਨਾਲ, ਬੜੀ ਸ਼ਾਨੋ ਸ਼ੌਕਤ ਦੇ ਨਾਲ ਇਹ ਜਿਹੜੀ ਪਾਤਸ਼ਾਹੀ ਰੈਲੀ ਆ ਉਹ ਅੱਗੇ ਨੂੰ ਵਧ ਰਹੀ ਆ। ਸੋ ਬਹੁਤ ਥੋੜੇ ਸਮੇਂ ਦੇ ਵਿੱਚ ਆਪਾਂ ਸਿਵਿਕ ਸੈਂਟਰ ਦੇ ਵਿੱਚ ਦਾਖਲ ਹੋ ਜਾਣਾ। ਕੋਸ਼ਿਸ਼ ਕਰਦੇ ਹਾਂ ਸੰਗਤ ਦੇ ਵਿੱਚੋਂ ਗੱਲਬਾਤ ਕਰਨ ਦੀ, ਕੋਸ਼ਿਸ਼ ਕਰਦੇ ਹਾਂ ਇਸੇ ਤਰ੍ਹਾਂ ਜਿਹੜੇ ਪ੍ਰਬੰਧਕ ਵੀਰ ਨੇ ਉਹਨਾਂ ਦੇ ਵਿੱਚੋਂ ਕਿਸੇ ਨਾਲ ਜੁੜਨ ਦੀ। ਇਸ ਤੋਂ ਬਾਅਦ ਤਕਰੀਰਾਂ ਹੋਣਗੀਆਂ, ਇਸ ਤੋਂ ਬਾਅਦ ਜਿਹੜਾ ਉਹ ਭਾਸ਼ਣ ਹੋਣਗੇ। ਆਪਣੇ ਨਾਲ ਇੱਕ ਵੀਰ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਗੁਰਜੰਟ ਸਿੰਘ ਜੀ। ਗੁਰਜੰਟ ਸਿੰਘ ਜੀ, ਕਿੱਥੋਂ ਆਏ ਹੋ ਤੁਸੀਂ? ਤੁਹਾਡੇ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਹੋ? ਆਈ ਇੱਥੋਂ ਜੀ ਸੈਕਰਾਮੈਂਟੋ। ਸੈਕਰਾਮੈਂਟੋ ਤੋਂ। ਸੋ ਕਿਵੇਂ ਲੱਗਦਾ ਅੱਜ ਜਿਹੜਾ ਤੁਸੀਂ ਨਗਰ ਕੀਰਤਨ ਦੇ ਵਿੱਚ ਪਹੁੰਚੇ ਹੋ? ਬਹੁਤ ਵਧੀਆ ਜੀ। ਅੱਛਾ, ਹਾਂਜੀ। ਹਰ ਸਾਲ ਆਉਣੇ ਹੋ? ਹਰ ਸਾਲ ਜੀ। ਅੱਛਾ, ਹਾਂਜੀ। ਠੀਕ ਹੈ। ਸੋ ਕੀ ਲੱਗਦਾ, ਕੀ ਸੇਧ ਲੈ ਕੇ ਜਾਂਦੇ ਹੋ, ਕੀ ਸਿੱਖ ਕੇ ਜਾਂਦੇ ਹੋ, ਕੀ ਮਹਿਸੂਸ ਕਰਕੇ ਜਾਂਦੇ ਹੋ? ਮਹਿਸੂਸ ਕਰਨ ਨੂੰ ਤਾਂ ਬਹੁਤ ਜ਼ਿਆਦਾ ਇੱਥੇ ਮਹਿਸੂਸ ਕਰੀਦਾ ਜੀ, ਆਪਣਾ ਸਗੋਂ ਵਧੀਆ ਲੱਗਦਾ। ਅੱਛਾ, ਹਾਂਜੀ। ਬੱਚਿਆਂ ਨਾਲ ਆਉਣੇ ਹੋ? ਹਾਂਜੀ, ਆ ਬੱਚੇ ਵੀ ਹੈਗੇ ਨਾਲ। ਠੀਕ ਆ। ਕਿੰਨਾ ਕੁ ਚਿਰ ਹੋ ਗਿਆ ਅਮਰੀਕਾ ਨੂੰ? ਮੈਨੂੰ 3 ਸਾਲ ਹੋ ਗਏ। 3 ਸਾਲ ਹੋ ਗਏ। ਸੋ ਠੀਕ ਆ। ਸੋ ਜਦੋਂ ਇੱਥੇ ਆਉਣੇ ਹੋ, ਜਿਹੜੀਆਂ ਤਕਰੀਰਾਂ ਹੁੰਦੀਆਂ ਨੇ ਜੀ, ਬਹੁਤ ਧੰਨਵਾਦ ਤੁਹਾਡਾ। ਬਹੁਤ ਜੀ ਜੀ। ਆਪਣਾ ਜਿਹੜੇ ਸੀਗੇ ਵੀਰ ਸੈਕਰਾਮੈਂਟੋ ਤੋਂ ਆਏ ਨੇ, ਔਰ ਬਸ ਆਪਾਂ ਹੁਣ ਜਿਹੜਾ ਉਹ ਤੁਹਾਨੂੰ ਪਹੁੰਚਾਵਾਂਗੇ ਸਟੇਜ ਤੱਕ। ਸਟੇਜ ਦੀ ਕਾਰਵਾਈ ਇਸ ਤੋਂ ਬਾਅਦ ਚੱਲੂਗੀ।
ਸਟੇਜ ਦੀ ਕਾਰਵਾਈ ਦੇ ਦੌਰਾਨ ਜਿਹੜੇ ਬੁਲਾਰੇ ਨੇ ਉਹ ਤਕਰੀਰਾਂ ਕਰਨਗੇ ਤੇ ਜਦੋਂ ਉਹ ਤਕਰੀਰਾਂ ਕਰਨਗੇ ਤਾਂ ਉਹਦੇ ਵਿੱਚ ਜਿੱਥੇ ਘੱਲੂਘਾਰੇ ਦੀ ਗੱਲ ਹੋਊਗੀ, ਜਿੱਥੇ ਜ਼ੁਲਮ ਦੀ ਗੱਲ ਹੋਊਗੀ, ਉੱਥੇ ਹੀ ਕੁਝ ਨਵੀਆਂ ਜਿਹੜੀਆਂ ਚੀਜ਼ਾਂ ਨੇ, ਕੁਝ ਨਵੇਂ ਤਰੀਕੇ ਦੀਆਂ ਪੇਸ਼ਬੰਦੀਆਂ ਉਹਨਾਂ ਦਾ ਵੀ ਜ਼ਿਕਰ ਹੋਊਗਾ। ਕੁਝ ਨਵੇਂ ਤਰੀਕੇ ਦੇ ਨਾਲ ਸੰਘਰਸ਼ ਨੂੰ ਕਿਵੇਂ ਚਲਾਇਆ ਜਾਵੇ ਉਹ ਵੀ ਜਿਹੜਾ ਉਹ ਤੁਹਾਨੂੰ ਦੱਸਿਆ ਜਾਊਗਾ। ਸੋ ਇਸੇ ਤਰ੍ਹਾਂ ਪੰਜਾਬੀ DSA ਦੇ ਨਾਲ, TV 84 ਦੇ ਨਾਲ ਤੁਸੀਂ ਜੁੜੇ ਰਹੋ। ਥੈਂਕ ਯੂ। ਹੋਰ ਸੁਣਾਓ? ਬਹੁਤ ਵਧੀਆ ਹੈਲੋ ਹੈਲੋ, ਮੈਂ ਨਾ ਆਪਣੇ ਕੈਮਰਾ ਇੱਥੇ ਰੱਖਿਆ, ਜਿਹੜਾ ਟਰੈਕਟਰ ਤੋਂ ਉਹਦੇ ਕੋਲ ਪਹੁੰਚਣ ਚੱਲਾ। ਨਹੀਂ ਮੈਂ 1 ਸੈਕਿੰਡ ਲਈ ਸਪੋਜ਼ ਕੀਤਾ ਹੱਥ ਲੈ ਕਰਾਂਗੇ ਹੁਣੇ। ਸੋ ਇਸ ਟਾਈਮ ਤੁਸੀਂ ਦੇਖ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਮਹਾਰਾਜ ਨੇ ਉਹ ਪਹੁੰਚ ਗਏ ਨੇ। ਉਹਨਾਂ ਦੀ ਜਿਹੜੀ ਸਵਾਰੀ ਆ ਉਹ ਪਹੁੰਚ ਚੁੱਕੇ ਸਿਵਿਕ ਸੈਂਟਰ ਦੇ ਵਿੱਚ, ਤੇ ਇੱਧਰ ਜਿਹੜੀ ਸੰਗਤ ਆ ਉਹ ਸਿਵਿਕ ਸੈਂਟਰ ਦੇ ਵਿੱਚ ਇਕੱਠੀ ਹੋਣੀ ਸ਼ੁਰੂ ਹੋ ਚੁੱਕੀ ਆ। ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਉਹ ਇੱਧਰ ਵੀ ਪਹੁੰਚੀ ਹੋਈ ਆ ਵੱਖ-ਵੱਖ ਹਿੱਸਿਆਂ ਤੋਂ। ਇੱਥੋਂ ਥੋੜੇ ਸਮੇਂ ਬਾਅਦ ਜਿਹੜੀਆਂ ਤਕਰੀਰਾਂ ਨੇ ਉਹ ਸ਼ੁਰੂ ਹੋਣਗੀਆਂ ਤੇ ਬੁਲਾਰੇ ਜਿਹੜੇ ਨੇ ਵੱਖ-ਵੱਖ ਥਾਵਾਂ ਤੋਂ ਆਏ ਨੇ ਉਹ ਸੰਗਤ ਨੂੰ ਸੰਬੋਧਨ ਕਰਨਗੇ। ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਉਹ ਲਗਾਤਾਰ ਇੱਥੇ ਜਿਹੜੀ ਆ ਪਹੁੰਚ ਰਹੀ ਆ। ਸੋ ਇਸ ਟਾਈਮ ਜਿਹੜਾ ਤੁਸੀਂ ਦ੍ਰਿਸ਼ ਦੇਖ ਰਹੇ ਹੋ ਤੇ ਮਹਾਰਾਜ ਦੀ ਜਿਹੜੀ ਸਵਾਰੀ ਆ ਉਹ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਦਾਖਲ ਹੋਣ ਜਾ ਰਹੀ ਆ। ਸੋ
ਬਹੁਤ ਹੀ ਉਤਸ਼ਾਹ ਦੇ ਨਾਲ ਜਿਹੜੀ ਸੰਗਤ ਆ ਉਹ ਪਹੁੰਚ ਰਹੀ ਹੈ ਇੱਥੇ। ਵਾਹਿਗੁਰੂ ਦਾ ਨਾਮ ਦਾ ਜਾਪ ਕਰ ਰਹੀ ਹੈ ਸੰਗਤ ਲਗਾਤਾਰ। ਉਹ ਨਾਦਰ ਸ਼ਾਹ ਹੋਵੇ, ਉਹ ਖਾਲਸਾ ਦੀ ਮੱਸਾ ਰੰਗੜ ਹੋਵੇ, ਉਹ ਅਹਿਮਦ ਸ਼ਾਹ ਅਬਦਾਲੀ ਹੋਵੇ, ਉਹ ਬੀਬੀ ਇੰਦਰਾ ਗਾਂਧੀ ਹੋਵੇ, ਉਹਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ, ਉਹਨੂੰ ਇੱਟ ਦਾ ਜਵਾਬ ਪੱਥਰ ਨਾਲ ਸਾਡੇ ਮਰ ਜੀਵਣਿਆਂ ਨੇ ਦਿੱਤਾ। ਬਾਪੂ ਪਾਲ ਸਿੰਘ, ਉਹ ਵੇਖੋ ਕਿੱਦਾਂ ਬੁੱਢਾ ਜਰਨੈਲ, ਉਹ ਜਫਰਵਾਲ ਗੁਰਦਾਸਪੁਰ ਦੀ ਧਰਤੀ ਆ, ਉਹ ਮਾਝੇ ਦੀ ਧਰਤੀ ਆ, ਜਿੱਥੇ ਖਾਲਸਾ ਦੀ ਸਿੰਘਾਂ ਨੇ ਘਮਸਾਨ ਦਾ ਯੁੱਧ ਲੜਿਆ। ਮਹਾਨ ਤੀਜਾ ਘੱਲੂਘਾਰਾ ਭਾਜੀ ਮੋੜਨੀ ਅਸੀਂ ਜਾਣਦੇ ਹਾਂ, ਧਰਮ ਨਾਲੋਂ ਜਾਨਾਂ ਸਾਨੂੰ ਪਿਆਰੀਆਂ ਨਹੀਂ, ਸਿਰ ਦੇ ਕੇ ਲਈਆਂ ਮੁੱਲ ਵਿਕਦੀਆਂ ਏ ਸਰਦਾਰੀਆਂ ਨਹੀਂ, ਅਸੀਂ ਹਿੱਕ ਤੇ ਖਾਣੀਆਂ ਜਾਣਦੇ ਹਾਂ। ਅੱਜ ਤੱਕ ਕਿਸੇ ਦੀ ਪਿੱਠ ਤੇ ਟੇਕਾਂ ਮਾਰੀਆਂ ਨਹੀਂ, ਅਸੀਂ ਇੱਜ਼ਤਾਂ ਬਚਾਈਆਂ, ਇਤਿਹਾਸ ਦੱਸੇ ਜੋਇਆਂ ਵਿੱਚ ਜਨਾਨੀਆਂ ਹਾਰੀਆਂ ਨਹੀਂ, ਅਸੀਂ ਸ਼ੇਰਾਂ ਦੇ ਪੁੱਤ ਸ਼ੇਰ ਹਾਂ, ਕੁੱਤਿਆਂ ਬਿੱਲਿਆਂ ਨਾਲ ਸਾਡੀਆਂ ਝਾੜੀਆਂ ਨਹੀਂ। ਉਸਤਾਦ ਜਸਪ੍ਰੀਤ ਸਿੰਘ ਜੀ ਫਾਂਦਰਾਂ ਲੈ ਕੇ ਮੈਦਾਨ ਦੇ ਵਿੱਚ ਕੈਲੀਫੋਰਨੀਆ ਗੱਤਕਾ ਦਲ ਦੇ ਨਿੱਕੇ ਨਿੱਕੇ ਬੱਚੇ ਬੱਚੀਆਂ, ਅੱਜ ਜਿੰਨੀ ਫੌਜ ਇੱਥੇ ਆਈ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਹਜ਼ੂਰੀ ਵਿੱਚ, ਪੰਜ ਪਿਆਰੇ ਸਾਹਿਬਾਨ ਆਪਾਂ ਇੱਥੋਂ ਤਿਆਰਪੁਰ ਜਾ ਕੇ ਹੋਰ ਚੱਲਦੀਏ। ਉਹ ਜਿੰਨੇ ਆਪਾਂ ਇੱਥੇ ਬੈਠੇ ਆ ਕਹਿੰਦੇ ਕਾਫਲਾ ਛੋਟਾ ਸੀ ਲੇਕਿਨ ਹੈ ਦਲੇਰਾਂ ਦਾ, ਗਿੱਦੜਾਂ ਦਾ ਨਹੀਂ ਬੱਬਰ ਸ਼ੇਰਾਂ ਦਾ। ਉਹ ਭਾਈ ਮੋਹਰ ਸਿੰਘ ਜੀ ਉਹਨਾਂ ਦੀਆਂ ਭਜੰਗਣਾ ਸਤਨਾਮ ਤੇ ਵਾਹਿਗੁਰੂ ਕੌਰ ਉਹਨਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ। ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਉਹ ਖਾਲਸਾ ਜੀ ਬਾਬਾ ਠਾਰਾ ਸਿੰਘ ਸਾਹਿਬ, ਜਨਰਲ ਸਵੇਕ ਸਿੰਘ ਸਾਹਿਬ ਉਹ ਮਰਜੀ ਵੜੇ, ਉਹ ਖਾਲਸਾ ਜੀ ਭਾਈ ਦਲਵੀਰ ਸਿੰਘ, ਭਾਈ ਮਹਿੰਗਾ ਸਿੰਘ ਬੱਬਰ। ਸ੍ਰੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ, ਭਾਈ ਰਾਮ ਸਿੰਘ ਜੀ ਯੂਪੀ ਵਾਲੇ, ਉਹ ਇਸ ਵੇਲੇ ਕੈਲੀਫੋਰਨੀਆ ਗੱਤਕਾ ਦਲ ਦੇ ਯੋਧੇ, ਸਨੋਜੇ ਦੀ ਧਰਤੀ ਤੋਂ, ਫਰੀਮਾਉਂਟ ਤੋਂ, ਉਧਰੋਂ ਫ੍ਰਿਸਨੋ ਤੋਂ ਕਈ ਸਿੰਘ ਜਿਹੜੇ ਆ ਉਹ ਇਸ ਵੇਲੇ ਸ਼ਾਸਤਰਾਂ ਦੇ ਜ਼ੋਰ ਵਿਖਾ ਰਹੇ ਨੇ। ਉਹ ਖਾਲਸਾ ਜੀ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਕਹਿੰਦੀ ਸਿੱਖ ਖਤਮ ਕਰ ਦੇਣੇ ਆ, ਉਹਨਾਂ ਨੂੰ ਇਹ ਨਹੀਂ ਪਤਾ ਕਿ ਸਨ 2026 ਦੇ ਵਿੱਚ ਇਹ ਜੂਨ ਮਹੀਨੇ ਦੇ ਵਿੱਚ ਇਹ ਸਨ ਫਰਾਂਸਿਸਕੋ ਦੀ ਧਰਤੀ ਤੇ ਇਹ ਜਕਾਰੇ ਲਾਉਣਗੇ। ਇਹ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਪਈ ਅਕਾਲ ਕੀ ਤभी ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਦੱਸਣਗੇ, ਇਹ ਸਮੇਂ ਦੀ ਜ਼ਾਲਮ ਸਰਕਾਰ ਨੂੰ ਦੱਸਣਗੇ ਕਿ ਸਿੱਖ ਅਜੇ ਜਿਉਂਦੇ ਆ, ਸਿੱਖ ਅਜੇ ਜਿਉਂਦੇ ਆ। दुनिया की कोई ताकत नहीं ਜਿਹੜੀ ਸਿੱਖਾਂ ਨੂੰ खत्म कर सके। हमारी किश्ती वहां डूबी जहां पानी कम था, हमको अपनों ने मारा मगर गैरों में क्या दाम था। जे साडे अपने गदार ना होंदे ते किसी भी जरूरत नहीं बनी सी कि सिखां दे नाल कोई धक्का कर जावे। आए इधर भाई बलवीर सिंह जी वो दो तलवारां लैके मैदान दे विच बाजा मारिया तेरे दर ते हथ जोड़ वास्ते पावा, जेड़ी चिड़ियां बाज मकाए वो अज फिर घेर लई कावा। चढ़ती कला च देखना चाहे ते अपना पंथ निराला बेनती सुन सरपंच दानिया फिर भेज दे भिडरा वाला। सारी दुनिया दे सुख ने जो असी सूले उत्ते टंगते हाँ हथ जोड़ के तेरे दारों तो एक भिडराला संत मंगते हाँ। जब फोटो लगी वेख्या दिल नूं चाह जिहा चढ़ जावे, तीर वाला बाबा मेरे मोहरे आ खड़ जावे जिवें खुदा नूं चाहुंदे काजी मक्के काबे दे। असीं फैन हाँ खालसा ही भिडरां वाले बाबे दे। इधर प्यो पुत्त भाई दिधार सिंह ते भाई जोरावर सिंह दी सैकरामेंटो अमेरिका कैलिफोर्निया दी राजधानी आ, उत्थों दोने नौजवान हिंदुस्तान दियां कंधे ने सी डग पैना। नीहां विच ना खड़दे जे लाल तेरे, चरखा गांधी ने कदे ना कटना सी, चलकौर गड़ी ना लगदे जे लाल तेरे। लाल किले ते झूलदा चंद तारा करदा उदना जेकर केसरी निशान साहिबा पिता तोड़दा ना दिल्ली वल जेकर चौक चांदनी हुंदा वीरान साहिबा। टल मंदरां विच कदे ना बजने सी रणजीत नगारे दी जे ना गूंज सुनदी मिट जाना सी धोतियां टोपियां ने गई गजनी कोई ना गूंज बढ़दी। गुरु गोबिंद सिंह जी श्री आनंदपुर साहब की धरती ते बैठे सन। महाराज कहंदे खालसा जी अज की दिन आ, महाराज सच्चे पातशाह तिन्ना लोकां दे ज्ञाता आ। महाराज ने सिखां नूं ओ सिख कौम दे अंदर जोश पैदा करना सी। कहंदे अज होली आ, कहंदे होली मनाई जा रही आ। कहंदे होली नूं की करदे आ, ओ कहंदे खालसा जी जद हिंदू आए लैके फरियाद कहंदे मुगलां ने कीता सानू बर्बाद, मारदे ने सानू सोटियां चुक के ला गए साडियां बोटियां। फिर जदों बजे रात दे 12 सिखां ने कड़ियां अपनियां तलवारां वापस छड़ा लिया हिंदुआं दियां नारा। हुण दसो किहदे बजदे सी रात दे 12। सिखों को मजाक किया जाता है कि सिखों के 12 बज जाते हैं। अगर सिखों के जब 12 बजते हैं ना तो वो दिन याद करो ਜਿਹੜੀਆਂ ਖਾਲਸਾ ਦੀ ਗਜਨੀ ਦੇ ਵਿੱਚ ਇੱਧਰ ਸਾਡੇ ਮਰਜੀ ਬੜੇ ਗਤਕਈ ਸਿੰਘ ਤਿਆਰਪੁਰ ਤਿਆਰ। ਇਹ ਗੁਰੂ ਗੋਬਿੰਦ ਸਿੰਘ ਜੀ, ਇਹ ਗੁਰੂ ਹਰਗੋਬਿੰਦ ਸਾਹਿਬ, ਇਹ ਗੁਰੂ ਅਰਜਨ ਦੇਵ ਜੀ, ਇਹ ਧੰਨ ਗੁਰੂ ਰਾਮਦਾਸ ਦੀ ਫੌਜ ਆ। ਇਹ ਸੱਚੇ ਪਾਤਸ਼ਾਹ ਇਸ ਵੇਲੇ ਮੈਦਾਨ ਦੇ ਵਿੱਚ ਉਧਰ ਦੋ ਭਰਾ ਆਪਣੇ ਮਹਿਤਾਬ ਸਿੰਘ ਜੀ
ਜੂਬਾ ਸੜੀ ਅਤੇ ਭਾਈ ਗੁਰਕੀਰਤ ਸਿੰਘ ਜੀ ਉਹ ਇਸ ਵੇਲੇ ਗਤਕਈ ਸਿੰਘ जेते शस्त्र नामंग नमस्कार तामंग जेते अस्त्र पयंग नमस्कार त्यंग तीरो तफंगो बड़ो राम जंगो तमकतर अणियर कमंद कोयड़ा पंच शास्त्र प्रवान सुनो नंद लाल जय साज प्रगट करूंगा अपना राज चार वर्ण एक वर्ण कराऊं वाहिगुरु सिंह को नाम जपाऊं चढ़े सिंह तिस मुक्त कराऊं झूलन ने जे हस्ती साजे द्वार द्वार फुरनौत वाजे सवा लाख जब तुखे पलीता तबा तबा खालसा उदे अस्तलो जीता उधर भाई अर्जन सिंह जी बहुत सत्कारयोग भाई जसदेव सिंह जी प्री मॉड कमेटी दे मैंबर आ सो उन्हां दे सुपुੱਤਰ इधर भाई ददार सिंह भाई बलवीर सिंह जी बहुत धन्यवाद करते हैं श्री गुरु ग्रंथ साहब जी पंज प्यारे सिंह साहबान पंज निशांती सिंह साहबान समूह गुरु की संगत जिन्हां दे सहयोग दे नाल ਇਹ ਰੈਲੀ ਹੋ ਰਹੀ ਆ ਇਹ ਪ੍ਰੋਗਰਾਮ ਹੋ ਰਿਹਾ ਆਪਾਂ ਇਹ ਸੋਚ ਕੇ ਆਉਣਾ ਕਿ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਜਾਣਾ ਅਗਰ ਤੁਸੀਂ ਇਹ ਸੋਚ ਕੇ ਆਓਗੇ ਤੇ ਮਹਾਰਾਜ ਜਿਹੜੀ ਭਾਵਨਾ ਆ ਉਹ ਕੋਟੀ ਰੱਖ ਦੋ ਤੇ ਮਾਰੇ ਭਾਵਨਾ ਪ੍ਰਵਾਨ ਕਰਦੇ ਆ ਇੱਧਰ ਸਾਡਾ ਸਿੰਘ ਉਧਰ ਭਾਈ ਆਪਣੇ ਏਕਮ ਸਿੰਘ ਦੀ ਜੂਬਾ ਸੁੜੀ ਤੋਂ ਉਹਨਾਂ ਦੇ ਨਾਲ ਸਾਡਾ ਇੱਧਰ ਆਪਣੇ ਪਿੰਡ ਛੜ ਦੇ ਵਿੱਚ ਸਾਡਾ ਨੌਜਵਾਨ ਤਰ੍ਹਾਂ ਤਰ੍ਹਾਂ ਦੀ ਫੋਰਸ ਹੁੰਦੀ ਆ ਨਾ ਕੈਲੀਫੋਰਨੀਆ ਗੱਤਕਾ ਦਲ ਕੋ ਤਰ੍ਹਾਂ ਤਰ੍ਹਾਂ ਦੀ ਫੋਰਸ ਆ ਜਿੱਦਾਂ ਹਰਮੰਦਰ ਸਾਹਿਬ ਤੇ ਟੈਂਕ ਆਏ ਤੋਪਾਂ ਆਈਆਂ ਫੌਜੀ ਆਏ ਨੇਵੀ ਆਈ ਕਮਾਂਡੋ ਫੋਰਸ ਆਈ 에ਅਰ ਫੋਰਸ ਆਈ ਉਹ ਜਿੱਦਾਂ ਦੀ ਵੀ ਆਈ ਉਹ ਯੋਧਿਆਂ ਨੇ ਮਰਜੀ ਵੜਿਆ ਨੇ ਉਹ ਖਾਲਸਾ ਜੀ ਮੂੰਹ ਦੇ ਉਹਨਾਂ ਨੂੰ ਦੱਸਤਾ ਉਹ ਕੁਲਦੀਪ ਬਰਾੜ ਬੀਬੀ ਇੰਦਰਾ ਨੂੰ ਕਹਿੰਦਾ ਬੀਬੀ I will bring Pindrala within 2 hours after 2 days ਬੀਬੀ ਇੰਦਰਾ called him ਕਹਿੰਦੀ ਮਿਸਟਰ ਬਰਾੜ what's going on ਤੂੰ ਹਲੇ ਤੱਕ ਫੜਿਆ ਕਿਉਂ ਨਹੀਂ ਪਿੰਡਰਾਲਾ ਉਹਨੇ ਇੱਕ ਗੱਲ ਕਹੀ ਕਿਸੇ ਕਵੀ ਨੇ ਲਿਖੀ ਕਹਿੰਦੇ ਸੁਣ ਕੇ ਗੱਲ ਬਰਾੜ ਦੀ ਇੰਦਰਾ ਹੋਈ ਦਲਗੀਰ ਉਹਨੂੰ ਟੈਲੀਫੋਨ ਤੇ ਦੱਸਿਆ ਕਹਿੰਦਾ ਬੀਬਾ ਮਾਫ ਕਰੀ ਤਕਦੀਰ ਜਿਹੜੇ ਕੰਮ ਨੇ ਤੇ ਮੈਨੂੰ ਤੋਰਿਆ ਇਹ ਮਸਲਾ ਬੜਾ ਗੰਭੀਰ ਇੱਥੇ ਦਮਤ ਵੀ ਟਕਸਾਲ ਦਾ ਹੈ ਮੁਖੀ ਬੜਾ ਬਲਵੀਰ ਉਹਦੇ ਸਿਰ ਤੇ ਪੜਕਾ ਕੇਸਰੀ ਤੇ ਪਤਲਾ ਜਿਹਾ ਸਰੀਰ ਉਹਦੀ ਇੱਕ ਤੇ ਮੋਜਰ ਲਮਕਦਾ ਤੇ ਹੱਥ ਵਿੱਚ ਰੱਖਦਾ ਤੀਰ ਉਹ ਹਥਿਆਰ ਨਹੀਂ ਸੁੱਟਣਾ ਜਾਣਦਾ ਜਿੱਧਰ ਦਿੰਦਾ ਖਿੱਚ ਲਕੀਰ ਕਹਿੰਦਾ ਪਿੰਡਰਾਂ ਵਾਲੇ ਸ਼ੇਰ ਨੇ ਸਿਮਰਿਆ ਦਸਵਾਂ ਪੀਰ ਉਹਦੀ ਲਲਕਾਰ ਨੂੰ ਸੁਣ ਕੇ ਰਾਣੀਏ ਤੇਰੀ ਭੱਜੀ ਫਿਰੇ ਕਤੀਰ ਉਹਦੀ ਫਤਿਹ ਯਕੀਨਨ ਰਾਣੀਏ ਹੈ ਤੇਰੀ ਹਾਰ ਅਖੀਰ ਉਹ ਬਰਾੜ ਕਹਿੰਦਾ ਬੀਬੀ ਇੰਦਰਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਦਾ ਇਹ ਉਹ ਖਾਲਸਾ ਪੰਥ ਆ ਇਹਨਾਂ ਦੀਆਂ ਜੜ੍ਹਾਂ ਵਿੱਚ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਖੂਨ ਆ ਇਹਨਾਂ ਦੀਆਂ ਜੜ੍ਹਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ ਖੂਨ ਆ ਇਹਨਾਂ ਦੀਆਂ ਜੜ੍ਹਾਂ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਧੰਨ ਮਾਤਾ ਗੁਜਰ ਕੌਰ ਦਾ ਖੂਨ ਆ ਇਹਨਾਂ ਵਿੱਚ ਖਾਲਸਾ ਦੀ ਇਸ ਵੇਲੇ ਕੈਲੀਫੋਰਨੀਆ ਗੱਤਕਾ ਦਲ ਸਨੋਜੇ ਦੀ ਧਰਤੀ ਤੋਂ ਉਧਰ ਖਾਲਸਾ ਦੀ ਸਾਰੇ ਗਤਕਈ ਸਿੰਘਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਇਸ ਰੈਲੀ ਦੇ ਵਿੱਚ ਅਤੇ ਮਹਾਨ ਨਗਰ ਕੀਰਤਨ ਉਹਨਾਂ ਸ਼ਹੀਦਾਂ ਨੂੰ ਆਪਾਂ ਸ਼ਰਧਾ ਦੇ ਫੁੱਲ ਭੇਟ ਕਰਨੇ ਆਏ ਆ ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਬਣਦੇ ਕਦੇ ਇਤਿਹਾਸ ਨਾ ਇਸ ਗੱਲੇ ਕਿ ਅਸੀਂ ਰਾਜਿਆਂ ਦੇ ਕਿੰਨੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਜਿਸ ਕੌਮ ਨੂੰ ਮਰਨ ਦਾ ਝੱਲ ਪੈ ਜਾਏ ਮੁੱਲ ਪੈਂਦਾ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜੇ ਤੇ ਭਾਜੇ ਕੱਲ ਪੈ ਜਾਏ ਭਾਈ ਜਗਤਾਰ ਸਿੰਘ ਵਾਲਾ ਜੇਲ੍ਹ 'ਚ ਬੈਠਾ ਆ ਉਹਦੀ ਮਾਤਾ ਹਿੰਦੁਸਤਾਨ ਗਈ ਪੰਜਾਬ ਗਈ ਉਹਦੀ ਮਾਤਾ ਕਹਿੰਦੀ ਮੈਂ ਆਪਣੇ ਸੁਪੁੱਤਰ ਭਾਈ ਜਗਤਾਰ ਸਿੰਘ ਵਾਲੇ ਦਾ ਮੂੰਹ ਵੇਖਣਾ ਪਰ ਹਿੰਦੁਸਤਾਨ ਦੀ ਸਰਕਾਰ ਨੇ ਉਹਨੂੰ ਪਰੋਲ ਨਹੀਂ ਦਿੱਤੀ ਮਾਰੇ ਕਿਰਪਾ ਕਰੇ ਸੋ ਖਾਲਸਾ ਦੀ ਭਾਈ ਜਗਤਾਰ ਸਿੰਘ ਵਾਲਾ ਕੌਮ ਦਾ ਜਥੇਦਾਰ ਆ ਇੱਕ ਜਕਾਰਾ ਆਪਾਂ ਬੰਦੀ ਸਿੰਘਾਂ ਦੇ ਨਾਲ ਨਾਂ ਤੇ ਲਾਉਣਾ ਜਕਾਰੇ ਬੁਲਾਵੇ ਨਿਹਾਲੋ ਜਾਵੇ ਬੰਦੀ ਸਿੰਘਾਂ ਦੇ ਮਨ ਨੂੰ ਭਾਵੇ ਉਹਨਾਂ ਯੋਧਿਆਂ ਦੀ ਆਪਾਂ ਇੱਥੇ ਹਾਜ਼ਰੀ ਪ੍ਰਵਾਨ ਕਰੀਏ ਉਹ ਮਰਦ ਖਾਲਸਾ ਦੀ ਭਾਈ ਦਲਾਵਰ ਸਿੰਘ ਬੱਬਰ ਜਿਨ੍ਹਾਂ ਨੇ ਮਹਾਨ ਕੁਰਬਾਨੀ ਕੀਤੀ ਅਗਰ ਉਹ ਕੁਰਬਾਨੀ ਨਾ ਕਰਦੇ ਤੇ ਪਤਾ ਨਹੀਂ ਅੱਜ ਆਪਾਂ ਇੱਥੇ ਕਿੰਨੇ ਹੁਣੇ ਨਹੀਂ ਸੀ ਉਧਰ ਖਾਲਸਾ ਦੀ ਭਾਈ ਅਰਜਨ ਸਿੰਘ ਤੇ ਨਾਲ ਦੂਜੇ ਪਾਸੇ ਭਾਈ ਅਜੇਪਾਲ ਸਿੰਘ ਜੀ ਫਰੀ ਮੌੜ ਦੀ ਧਰਤੀ ਤੋਂ ਉਹ ਬਿਆੰਤਾ ਬੁੱਚੜ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਕਹਿੰਦਾ ਕਿ ਮੈਂ ਸਿੱਖ ਕੌਮ ਖਤਮ ਕਰ ਦੇਣੀ ਆ KPS ਗਿੱਲ ਨੂੰ ਪੱਤਰਕਾਰਾਂ ਨੇ ਪੁੱਛਿਆ ਕਹਿੰਦੇ ਮਿਸਟਰ ਗਿੱਲ ਪੰਜਾਬ ਦੇ ਹਾਲਾਤ ਕੀ ਆ ਕਹਿੰਦਾ ਕੋਈ ਮਾਂ ਇਹੋ ਜਿਹਾ ਪੁੱਤ ਨਹੀਂ ਜੰਮ ਸਕਦੀ ਕਿਸੇ ਭੈਣ ਦਾ ਇਹੋ ਜਿਹਾ ਭਰਾ ਨਹੀਂ ਹੋਊਗਾ ਜਿਹੜਾ ਛਾਤੀ ਚੌੜੀ ਕਰਕੇ ਤੁਰ ਸਕੇਗਾ ਬਸ ਇੰਨੀ ਗੱਲ ਕਹਿਣ ਦੀ ਦੇਰ ਸੀ ਕਹਿੰਦੇ ਦਲਾਵਰ ਸਿੰਘ ਜੋਧੇ ਨੇ ਕੀਤੀ ਪੰਥ ਲਈ ਕੁਰਬਾਨੀ ਪਾਪੀ ਨੂੰ ਸੋਧਣ ਲਈ ਲੇਖੇ ਲਾ ਗਿਆ ਆਪ ਜਵਾਨੀ ਜਾਂ ਚੰਡੀਗੜ੍ਹ ਜਾ ਕੇ ਸੀ ਜਿਸ ਨੇ ਭੋਗ ਬਿਆੰਤੇ ਦਾ ਪਾਤਾ ਇਹ ਬਿਆੰਤੇ ਪਾਪੀ ਨੂੰ ਸਿੰਘਾਂ ਬੰਬ ਦੇ ਨਾਲ ਉਡਾਤਾ ਭਾਈ ਦਲਾਵਰ ਸਿੰਘ ਬੱਬਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਓਰਾ ਭਾਈ ਬਲਵੰਤ ਸਿੰਘ ਰਾਜੋਆਣੀਆਂ ਉਹਨਾਂ ਦੀ ਕੋਈ ਜ਼ਮੀਨ ਦੀ ਜੰਗ ਨਹੀਂ ਸੀ ਉਹਨਾਂ ਦੀ ਕੋਈ ਜ਼ਮੀਨ ਦੀ ਲੜਾਈ ਨਹੀਂ ਸੀ ਉਹਨਾਂ ਦੀ ਲੜਾਈ ਸਿੱਖ ਕੌਮ ਦੀ ਖਾਤਰ ਤੁਹਾਡੇ ਖਾਤਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਜ ਪਿਆਰੇ ਸਾਹਿਬਾਨ ਬੈਠੇ ਆ ਉਹਨਾਂ ਦੀ ਲੜਾਈ ਖਾਲਸਾ ਦੀ
ਇਹ ਮੁੱਢ ਕਦੀਮੋਂ ਤੋਂ ਹੁੰਦੀ ਰਹੀ ਆ। ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਜਾਵ ਰੱਖਿਆ। ਇਸ ਵੇਲੇ ਕੈਲੀਫੋਰਨੀਆ ਗੱਤਕਾ ਦਲ ਦੇ ਨਿੱਕੇ ਨਿੱਕੇ ਬੱਚੇ ਬੱਚੀਆਂ ਸਿੰਘ ਸਿਗੜੀਆਂ, ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ। ਅਗਰ ਅਸੀਂ ਹਿੰਦੂ ਧਰਮ ਨੂੰ ਮਾੜਾ ਕਹਿੰਦੇ ਹੁੰਦੇ ਤੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿਲਕ ਜੰਜੂ ਉਹਨਾਂ ਦੇ ਖਾਤਰ ਕੁਰਬਾਨੀ ਨਾ ਕਰਦੇ। ਠੀਕਰ ਫੋਰ ਦਲੀਲ ਸਰ ਪ੍ਰਾਪਰ ਕੀਆ ਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨਹੂ ਆਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਹਾਨ ਕੁਰਬਾਨੀ ਕੀਤੀ ਖਾਲਸਾ ਜੀ। ਉਹਨਾਂ ਨੇ ਅਸੀਂ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਕਹਿੰਦੇ, ਕਿਉਂਕਿ ਸਾਡੇ ਸ਼ਾਂਤੀ ਦੇ ਸੋਮੇ ਸ੍ਰੀ ਗੁਰੂ ਰਾਮਦਾਸ ਦੀ ਪਵਿੱਤਰ ਨਗਰੀ ਦੇ ਵਿੱਚ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਬਾਬਾ ਜੀ ਮਿੰਟ ਦੋ ਆਪਣੇ ਕੋ ਸਮਾਪਤੀ ਵਸ ਕਰੀਏ, ਆਪਾਂ ਸਮਾਪਤੀ ਦਾ ਸੰਤਾ ਲਾ ਦਈਏ। ਇਧਰ ਕਈ ਕਿਰਪਾਨਾਂ ਢਾਲਾਂ ਲੈ ਕੇ ਮੈਦਾਨ ਦੇ ਵਿੱਚ ਦਗੜ ਦਗੜ ਹੋਤ ਰਹੇ ਤਗੜ ਤੀਨ ਬਜਤ ਰਹੇ ਲੋ ਲੰਗਰ ਤਪਤ ਰਹੇ ਸਾਹਿਬ ਇੱਕ ਕਮਾਲ ਕੇ ਪੰਥ ਖਾਲਸਾ ਸਦਾ ਭਟ ਰਹੇ ਜੈ ਜੈਕਾਰ ਸਦਾ ਗੱਜਤ ਰਹੇ ਝੂਲ ਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ। ਭਾਈ ਅਮਰਤਪਾਲ ਸਿੰਘ ਉਹ ਖਾਲਸਾ ਦੀ ਉਧਰ ਉਹਨੂੰ ਐਨਐਸਏ ਲਾ ਕੇ ਤੀਜੀ ਵਾਰ ਐਨਐਸਏ ਲਾ ਕੇ ਉਹਦੀ ਐਨਐਸਏ ਵੀ ਖਤਮ ਹੋ ਗਈ ਆ, ਪਰ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਹੱਲੇ ਵੀ ਨਜ਼ਰ ਬੰਦ ਆ। ਸਰਕਾਰਾਂ ਨੂੰ ਉਹ ਬੰਦਾ ਚੁੱਭਦਾ ਆ ਜਿਹੜਾ ਖਰੀਆਂ ਤੇ ਸੱਚੀਆਂ ਗੱਲਾਂ ਕਰੇ। ਉਹ ਦੁਬਈ ਤੋਂ ਜਾ ਕੇ ਉਹਨੇ ਅੰਮ੍ਰਿਤ ਛਕਿਆ, ਉਹ ਤਿਆਰ ਪਰ ਤਿਆਰ ਹੋਇਆ, ਉਹਨੇ ਖਾਲਸਾ ਬਹੀਰਾਂ ਸ਼ੁਰੂ ਕੀਤੀਆਂ ਖਾਲਸਾ ਦੀ। ਪਰ ਹਿੰਦੁਸਤਾਨ ਦੀਆਂ ਜ਼ਾਲਮ ਸਰਕਾਰਾਂ ਨੂੰ, ਪੰਜਾਬ ਦੀਆਂ ਉਹਨਾਂ ਜ਼ਾਲਮ ਸਰਕਾਰਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਇੱਧਰ ਸਤਿਕਾਰਯੋਗ ਸਾਡੇ ਸਿੰਘ ਭਾਈ ਆਪਣੇ ਜੀਵਨ ਸਿੰਘ ਜੀ, ਭਾਈ ਜਦਾਰ ਸਿੰਘ ਜੀ, ਸਮਾਪਤੀ ਬਾਬਾ ਜੀ, ਬਾਬਾ ਯਸ਼ਪ੍ਰੀਤ ਸਿੰਘ ਜੀ। ਮਹਾਰਾਜ ਕਿਰਪਾ ਕਰਨ, ਬਹੁਤ ਬਹੁਤ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ, ਪੰਜ ਪਿਆਰੇ ਸਾਹਿਬਾਨ ਅਤੇ ਜਿੰਨੇ ਵੀ ਆ ਸੰਗਤਾਂ, ਉਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸੱਚੇ ਪਾਤਸ਼ਾਹ ਕਿਰਪਾ ਕਰਨ, ਕੈਲੀਫੋਰਨੀਆ ਗੱਤਕਾ ਦਲ ਦੇ ਸਾਰੇ ਸਿੰਘਾਂ ਦਾ ਬਹੁਤ ਧੰਨਵਾਦ। ਫਤਿਹਨਾਮਾ ਲਿਆ ਜਾ ਰਿਹਾ, ਗੁਰੂ ਕਿਰਪਾ ਕਰੇ। ਗੱਲੀ ਬਾਤੀ ਸਰਨਾ ਨਹੀਂ, ਹੁਣ ਤਾਂ ਖੰਡਾ ਹੀ ਖੜਕਾਉਣਾ ਪਊ। ਅੱਜ ਬਣਾ ਲਿਓ, ਕੱਲ ਨੂੰ ਬਣਾ ਲਿਓ, ਖਾਲਿਸਤਾਨ ਬਣਾਉਣਾ ਪਊ। ਖਾਲਿਸਤਾਨ ਖਾਲਿਸਤਾਨ ਸ਼ਹੀਦੋ ਤੁਹਾਡੀ ਸੋਚ ਤੇ, ਸ਼ਹੀਦੋ ਤੁਹਾਡੀ ਸੋਚ ਤੇ। ਸ੍ਰੀ ਅਕਾਲ ਤਖਤ ਸਾਹਿਬ ਤੋਂ ਆਈ ਆਵਾਜ਼, ਸ੍ਰੀ ਅਕਾਲ ਤਖਤ ਸਾਹਿਬ ਤੋਂ ਆਈ ਆਵਾਜ਼, ਬੋਲੇ ਸੋ ਨਿਹਾਲ। ਇਸ ਵੇਲੇ ਫਤਿਹਨਾਮਾ ਲਿਆ ਜਾ ਰਿਹਾ ਬਾਪੂ ਪਾਲ ਸਿੰਘ ਜੀ, ਕੈਲੀਫੋਰਨੀਆ ਗੱਤਕਾ ਦਲ ਦੇ ਸੀਨੀਅਰ ਉਸਤਾਦ ਜਹੇਦਾਰ ਬਾਬੂ ਫਤਿਹਨਾਮਾ ਲੈ ਰਹੇ ਨੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਸ਼ਹੀਦਾਂ ਦੇ ਪਰਿਵਾਰ ਆਏ ਆ, ਉਹਨਾਂ ਨੂੰ ਨਮਸਕਾਰ ਕਰਦੇ ਆ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਾਨ ਧਰਮ ਤੋਂ ਬਾਰੀ। ਸਤਿਕਾਰਯੋਗ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਦੇ ਸੁਪੁੱਤਰ ਭਾਈ ਤਰਲੋਚਨ ਸਿੰਘ ਜੀ ਨਹੀਂ ਪਹੁੰਚ ਸਕੇ, ਉਹਨਾਂ ਵੱਲੋਂ ਉਹ ਦਾਸ ਨੂੰ ਹੁਕਮ ਕੀਤਾ ਸੀ ਕਿ ਮੇਰੀ ਹਾਜ਼ਰੀ ਪ੍ਰਵਾਨ ਕਰਨੀ। ਭਾਈ ਤਰਲੋਚਨ ਸਿੰਘ ਜੀ ਵੱਲੋਂ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸਤਾਦ ਜਸਪ੍ਰੀਤ ਸਿੰਘ ਜੀ, ਕੈਲੀਫੋਰਨੀਆ ਗੱਤਕਾ ਦਲ ਸਾਰੇ ਸਿੰਘਾਂ ਦਾ, ਪਰਿਵਾਰਾਂ ਦਾ, ਬੱਚਿਆਂ ਦਾ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਸਮਾਪਤੀ ਆ। ਬੋਲੇ ਸੋ ਨਿਹਾਲ। ਖਾਲਿਸਤਾਨ ਖਾਲਿਸਤਾਨ ਲੈ ਕੇ ਰਹਾਂਗੇ, ਬਣਾ ਕੇ ਰਹਾਂਗੇ। ਸ਼ਹੀਦਾਂ ਤੁਹਾਡੀ ਸੋਚ ਤੇ, ਸ਼ਹੀਦਾਂ ਤੁਹਾਡੀ ਸੋਚ ਤੇ। ਪਿੰਡਰਾਵਾਲਾ ਸੰਤ ਸਿਪਾਹੀ, ਪਿੰਡਰਾਵਾਲਾ ਸੰਤ ਸਿਪਾਹੀ ਜਕਾਰਾ ਬੁਲਾਵੇ ਨਿਹਾਲੋ ਜਾਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਮਾਨੂੰ ਪਾਵੇ ਨਿਹਾਲੋ ਜਾਵੇ। ਜੱਗਿਆਂ ਬਾਜਾਂ ਵਾਲਿਓ ਸਤਿਗੁਰੂ ਰੱਖ ਲਿਓ ਬਿਰਧ ਬਾਣੇ ਦੀ। ਸੋਢੀ ਸੱਚੇ ਪਾਤਸ਼ਾਹ ਜੀਓ ਤੇਰਾ ਖਾਲਸਾ ਜਪੇ ਅਕਾਲੀ। ਲਾਲੜੀਆਂ ਫੌਜਾਂ ਦੇ ਮਾਲਕੋ ਸਤਿਗੁਰੂ ਫੌਜਾਂ ਰੱਖਣੀਆਂ ਤਿਆਰ ਪਰ। ਸ਼ਹੀਦੋ ਸਿੰਘੋ ਚਿੱਤੋ ਗੁਪਤੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਗੁਰਵਰ ਅਕਾਲ ਦੇਖ ਤੇ ਫਤਿਹ। ਖਾਲਸੇ ਦੀ ਹਰ ਬਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੈ ਖੇਤ। ਅੱਜ ਦਾ ਇਹ ਪਵਿੱਤਰ ਸਮਾਗਮ ਉਹਨਾਂ ਮਹਾਨ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਿਸਾਨੀ ਸ਼ਹਾਦਤ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਮਰਪਿਤ ਹੈ, ਜਿਨ੍ਹਾਂ ਨੇ ਧਰਮ, ਕੌਮ
ਅਤੇ ਸੱਚ ਦੀ ਰੱਖਿਆ ਲਈ ਆਪਣੇ ਸੀਸ ਤੱਕ ਨਿਸ਼ਾਵਰ ਕਰ ਦਿੱਤੇ। ਸੈਕੰਡ ਸਟਰੀਟ ਤੋਂ ਨਗਰ ਕੀਰਤਨ ਇਹਨਾਂ ਸਮੂਹ ਸ਼ਹੀਦਾਂ ਦੇ ਸਮਰਪਿਤ ਆਰੰਭ ਹੋਇਆ। ਸਿਵਕ ਸੈਂਟਰ ਤੱਕ ਨਗਰ ਕੀਰਤਨ ਦੀ ਸਮਾਪਤੀ ਹੋਈ। ਜੋ ਵੀ ਆਪ ਆਪਣੇ ਪਰਿਵਾਰਾਂ ਸਮੇਤ ਇਹਨਾਂ ਸਮੂਹ ਸ਼ਹੀਦਾਂ ਦੇ ਪ੍ਰੋਗਰਾਮਾਂ ਵਿੱਚ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਪਹੁੰਚੇ ਹੋ, ਆਪ ਸਭ ਦਾ ਤਹਿ ਦਿਲੋਂ ਧੰਨਵਾਦ। ਇਸ ਤੋਂ ਉਪਰੰਤ ਜੋ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਸਿਵਕ ਸੈਂਟਰ ਚੱਲਣਗੇ, ਇਸ ਵਿੱਚ ਆਪ ਜੀ ਨੂੰ ਪੰਥਕ ਬੁਲਾਰੇ, ਕਵੀਸ਼ਰੀ ਜੱਥੇ ਨਿਹਾਲ ਕਰਨਗੇ। ਸਭ ਤੋਂ ਪਹਿਲਾਂ ਜੋ ਇਸ ਦੀਵਾਨਾ ਦੀ ਸ਼ੁਰੂਆਤ ਹੈ, ਸਾਡੇ ਖਾਲਸਾ ਸਕੂਲ ਫਰੀਮਾਉਂਟ ਦੇ ਬੱਚੇ 2-3 ਮਿੰਟ ਲਈ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰਨਗੇ। ਉਸ ਤੋਂ ਉਪਰੰਤ ਬੱਚਿਆਂ ਦਾ ਕਵੀਸ਼ਰੀ ਜੱਥਾ, ਉਸ ਤੋਂ ਉਪਰੰਤ ਜੋ ਵੀ ਪ੍ਰੋਗਰਾਮ ਹੋਣਗੇ, ਸੋ ਆਪ ਸਭ ਨੇ ਪੰਡਾਲ ਦੇ ਵਿੱਚ ਆ ਕੇ ਬੈਠਣ ਦੀ ਕਿਰਪਾਲਤਾ ਕਰੋ ਜੋ ਇਹ ਪ੍ਰੋਗਰਾਮ ਆਪਾਂ ਸਟਾਰਟ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ ਕਰੋ। Check, check, 1, 2, more again, more again. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜਾ ਸਾਊਂਡ ਸਿਸਟਮ ਦੀ ਪ੍ਰੋਬਲਮ ਆਈ ਆ, ਮਾਫੀ ਚਾਹੁੰਦੇ ਹਾਂ। ਇਹ ਸਿਟੀ ਹਾਲ ਦੇ ਵਿੱਚ ਜੋ ਆਪਾਂ ਪ੍ਰੋਗਰਾਮ ਕਰ ਰਹੇ ਹਾਂ, ਇਸ ਦੇ ਕੁਝ ਰੂਲ ਐਂਡ ਰੈਗੂਲੇਸ਼ਨਸ ਹੁੰਦੇ ਨੇ। ਇੱਕ ਪਿੱਕੇ ਦੀ ਬੜੀ ਪ੍ਰੋਬਲਮ ਹੈ ਜੋ ਇਸ ਸਾਈਡ ਤੇ ਰਾਈਟ ਹੈਂਡ ਸਾਈਡ ਤੇ ਖੜਾ ਹੈ 9XRJ190 ਪੁਲਿਸ ਵਾਲਿਆਂ ਵੱਲੋਂ ਉਹ ਆਇਆ ਵਾ ਵੀ ਮੈਨੂੰ ਉਹ ਕਹਿੰਦੇ ਜਲਦੀ ਜਲਦੀ ਇਸ ਨੂੰ ਮੂਵ ਕਰੋ, ਨਹੀਂ ਅਸੀਂ ਟੋ ਕਰਵਾ ਦੇਣਾ। ਉਹ ਜੇ ਕਿਸੇ ਦਾ ਵੀ ਪਿੱਕਾ ਮੇਰਾ ਵੀਰ ਭਾਈ ਸੁਣਦਾ ਹੋਵੇ, ਉਹਨੂੰ ਜਲਦੀ ਜਲਦੀ ਮੂਵ ਕਰ ਦਿਓ। ਰਾਈਟ ਹੈਂਡ ਸਾਈਡ ਤੇ ਖੜਾ ਵਾ ਉਹ ਜਲਦੀ ਜਲਦੀ ਮੂਵ ਕਰ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Secretary
ਕਰ ਲਿਓ ਮੈਨੂੰ ਕਰਨਾ ਨਹੀਂ ਹਾਂਜੀ ਜ਼ਰੂਰ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੰਦਨਾ ਹਰੇ ਵੰਦਨਾ ਵੰਦਨਾ ਹਰੇ ਵੰਦਨਾ ਵੰਦਨਾ ਹਰੇ ਵੰਦਨਾ ਗੜ ਗਵਾ ਗੋਬਿੰਦ ਰਾਏ
सागर तरिया साधु संगे सागर तरिया साधु संगे गिरबो नाम जपो हर रंगे गिरबो नाम जपो हर रंगे गिरबो नाम जपो हर रंगे बंदना हर बंदना बंदना हर बंदना हर तन दोग किछ पाप न वेड़े हर तन दोग किछ पाप न वेड़े जब जंदार लावे नेड़े जब जंदार नावे नेड़े इस लगन प्रभ आप बुझाई इस लगन प्रभ आप बुझाई नानक तेरे प्रभ शरणाई नानक तेरे प्रभ शरणाई नानक तेरे प्रभ शरणाई वंदना हर वंदना वंदना हर वंदना गावो गोपाल राय गुण गावो गोपाल राय गुण गावो गोपाल राय वंदना हर वंदना वंदना हर वंदना वंदना हर वंदना हर वंदना हर वंदना खालसा वाहिगुरू जी की फतेह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਖਾਲਸਾ ਸਕੂਲ ਫਰੀਮੌਂਟ ਦੇ ਬੱਚੇ ਜਿਨ੍ਹਾਂ ਨੇ ਅੱਜ ਦੇ ਸ਼ਹੀਦੀ ਸਮਾਗਮਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਹੱਲ ਕੀਤਾ। ਤੋਂ ਇਸ ਤੋਂ ਉਪਰੰਤ ਜੋ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਹੀ 3 ਬੱਚਿਆਂ ਵੱਲੋਂ ਕਵਿਸ਼ਰੀ ਕੀਤੀ ਜਾਵੇਗੀ, ਉਹ ਵੀ 2-3 ਮਿੰਟ ਦੀ ਕਵਿਸ਼ਰੀ ਹੈ। ਆਪ ਸਾਰੇ ਇਸ ਤਰ੍ਹਾਂ ਹੀ ਸਰਵਣ ਕਰੋ। ਉਸ ਤੋਂ ਉਪਰੰਤ ਸਾਡੇ ਪਾਸ ਪੰਥ ਪ੍ਰਸੈਦ ਕਵਿਸ਼ਰੀ ਜਥਾ ਭਾਈ ਮਹਿਲ ਸਿੰਘ ਜੀ ਇਸ ਤੋਂ ਉਪਰੰਤ ਆਪ ਜੀ ਨੂੰ ਕਵਿਸ਼ਰੀ ਵਾਰਾਂ ਰਾਹੀਂ ਹੱਲ ਕਰਨਗੇ। ਉਸ ਤੋਂ ਉਪਰੰਤ ਪੰਥਕ ਬੁਲਾਰੇ। ਸੋ ਆਓ ਹੁਣ ਮੈਂ ਬੇਨਤੀ ਕਰਾਂ ਖਾਲਸਾ ਸਕੂਲ ਫਰੀਮੌਂਟ ਦੇ ਬੱਚਿਆਂ ਨੂੰ ਕਿ ਆਪ ਜੀ ਨੂੰ ਕਵਿਸ਼ਰੀ ਵਾਰ ਰਾਹੀਂ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। It's why this real living. It's why this ain't just a story of my God. It's a real legend. It's why we
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਵਰਤਿਆ ਜੂਨ 84 ਨੂੰ ਉਹ ਭੁੱਲਣ ਵਾਲਾ ਸਾਕਾ ਨੀ, ਜੋ ਕਹਿਰ ਕਮਾਇਆ ਇੰਦਰਾਂ ਨੇ ਕੋਈ ਘੱਟ ਮਸੇ ਤੋਂ ਬਾਕਾ ਨੀ। ਉਸ ਭੈੜੇ ਕੀਤੇ ਕਾਰੇ ਜੋ ਸਾਡੇ ਦਿਲ ਨਾ ਭੁਲਾ ਜਾਂਦੇ, ਜਦ ਜੂਨ ਮਹੀਨਾ ਚੜ੍ਹਦਾ ਹੈ ਅੱਖਾਂ ਵਿੱਚ ਅਥਰੂ ਆ ਜਾਂਦੇ। ਜੋ ਵਰਤਿਆ ਜੂਨ 84 ਨੂੰ ਉਹ ਭੁੱਲਣ ਵਾਲਾ ਸਾਕਾ ਨੀ, ਜੋ ਕਹਿਰ ਕਮਾਇਆ ਇੰਦਰਾਂ ਨੇ ਕੋਈ ਘੱਟ ਮਸੇ ਤੋਂ ਬਾਕਾ ਨੀ। ਉਸ ਭੈੜੇ ਕੀਤੇ ਕਾਰੇ ਜੋ ਸਾਡੇ ਦਿਲ ਨਾ ਭੁਲਾ ਜਾਂਦੇ, ਜਦ ਜੂਨ ਮਹੀਨਾ ਚੜ੍ਹਦਾ ਹੈ ਅੱਖਾਂ ਵਿੱਚ ਅਥਰੂ ਆ ਜਾਂਦੇ। 2 ਜੂਨ ਵਾਲੇ ਦਿਨ ਦਿੱਲੀ ਤੋਂ ਜੋ ਚੜ੍ਹ ਕੇ ਲਸ਼ਕਰ ਆਇਆ ਸੀ, ਅੰਮ੍ਰਿਤਸਰ ਦੀ ਧਰਤੀ ਨੂੰ ਫੌਜਾਂ ਨੇ ਘੇਰਾ ਪਾਇਆ ਸੀ। ਜੋ ਫੌਜਾਂ ਛਾਈਆਂ ਸ਼ਹਿਰਾਂ ਦੇ ਜੋ ਅੰਬਰੀ ਬੱਦਲ ਛਾ ਜਾਂਦੇ, ਜਦ ਜੂਨ ਮਹੀਨਾ ਚੜ੍ਹਦਾ ਹੈ ਅੱਖਾਂ ਵਿੱਚ ਅਥਰੂ ਆ ਜਾਂਦੇ। ਓਏ ਬੂਹੇ ਬੰਦ ਦੁਕਾਨਾਂ ਦੇ ਤੇ ਹਫੜਾ ਦਫੜੀ ਪੈ ਗਈ ਸੀ, ਹੋਈ ਬਿਜਲੀ ਬੰਦ ਬਾਜ਼ਾਰਾਂ ਦੀ ਸਭ ਖਲਕਤ ਡਰਦੀ ਛਹਿ ਗਈ ਸੀ। ਕੋਈ ਹੋਣੀ ਵਰਤਣ ਵਾਲੀ ਐ ਝਟ ਲੋਕ ਅੰਦਾਜ਼ਾ ਲਾ ਜਾਂਦੇ, ਜਦ ਜੂਨ ਮਹੀਨਾ ਚੜ੍ਹਦਾ ਹੈ ਅੱਖਾਂ ਵਿੱਚ ਅਥਰੂ ਆ ਜਾਂਦੇ। 2 ਜੂਨ ਪਹਿਰ ਦੇ ਤੜਕੇ ਹੀ 2 ਜੂਨ ਪਹਿਰ ਦੇ ਤੜਕੇ ਹੀ ਜਦ ਪਹਿਲੀਆਂ ਗੋਲੀਆਂ ਚੱਲੀਆਂ ਸੀ, ਸਭ ਖਤਮ ਕਰ ਦਿਓ ਸਿੱਖਾਂ ਨੂੰ ਦਿੱਲੀ ਤੋਂ ਤਾਰਾਂ ਹਿੱਲੀਆਂ ਸੀ। ਜੇ ਬਨਰਾ ਵਾਲਾ ਨਾ ਹੁੰਦਾ, ਜੇ ਪਿੰਡਰਾ ਵਾਲਾ ਨਾ ਹੁੰਦਾ, ਛੱਡਰ ਮੰਦਰ ਢਾ ਜਾਂਦੇ, ਜਦ ਜੂਨ ਮਹੀਨਾ ਚੜ੍ਹਦਾ ਅੱਖਾਂ ਵਿੱਚ ਅਥਰੂ ਆ ਜਾਂਦੇ। ਮਰ ਮਿਟਣਾ ਹੈ ਗੁਰਤਾਮਾਂ ਲਈ, ਮਰ ਮਿਟਣਾ ਹੈ ਗੁਰਤਾਮਾਂ ਲਈ, ਸਿੰਘਾਂ ਨੇ ਮਤਾ ਪਕਾਇਆ ਏ, ਉਹਨੇ ਚੜ੍ਹ ਕੇ ਆਈਆਂ ਫੌਜਾਂ ਨੂੰ ਸਿੱਖੀ ਦਾ ਬਲ ਦਿਖਾਇਆ ਏ। ਫਿਰ ਚੱਲਿਆ ਦੌਰ ਸ਼ਹੀਦੀਆਂ ਦਾ, ਸਿੰਘ ਹੱਸ ਸ਼ਹੀਦੀ ਪਾ ਜਾਂਦੇ, ਜਦ ਜੂਨ ਮਹੀਨਾ ਚੜ੍ਹਦਾ ਹੈ ਅੱਖਾਂ ਵਿੱਚ ਅਥਰੂ ਆ ਜਾਂਦੇ। 3-4 ਜੂਨ ਨੂੰ ਤੋਪਾਂ 3-4 ਜੂਨ ਨੂੰ ਤੋਪਾਂ ਲੈ ਬਖਤਰ ਬੰਦ ਗੱਡੀਆਂ ਆ ਗਈਆਂ, ਸਿੰਘਾਂ ਤੇ ਰਾਕਟ ਚੱਲੇ ਨਾ ਹੋਵੇ। ਕਰਮਾਂ ਦੇ ਤਖਤ ਦੇਵਤੇ ਵੀ ਗਸ਼ ਖਾ ਜਾਂਦੇ, ਜਦ ਜੂਨ ਮਹੀਨਾ ਚੜ੍ਹਦਾ ਹੈ ਅੱਖਾਂ ਵਿੱਚ ਅਥਰੂ ਆ ਜਾਂਦੇ। ਜਦ ਚੜ੍ਹ ਕੇ ਆਈ ਕਮਾਂਡੋ ਨੂੰ, ਜਦ ਚੜ੍ਹ ਕੇ ਆਈ ਕਮਾਂਡੋ ਨੂੰ, ਸਿੰਘਾਂ ਨੇ ਤਰਤ ਲਟਾ ਦਿੱਤਾ, ਤੋਪਾਂ ਤੇ ਬੰਬ ਚਲਾਉਣੇ ਦਾ ਵੈਦਿਆਂ ਨੇ ਹੁਕਮ ਸੁਣਾ ਦਿੱਤਾ। ਜਦ ਟੈਂਕ ਜ਼ਮੀਨ 'ਚ ਤਸਿਆ ਸੀ, ਉਦੋਂ ਹੀ ਸ਼ਰਮਾ ਖਾ ਜਾਂਦੇ, ਜਦ ਜੂਨ ਮਹੀਨਾ ਚੜ੍ਹਦਾ ਹੈ ਅੱਖਾਂ ਵਿੱਚ ਅਥਰੂ ਆ ਜਾਂਦੇ। ਅੰਵਾਇਰਮੈਂਟ ਤੇ ਤੋਪਾਂ ਬੰਬਾਰਮੈਂਟ ਤੇ ਤੋਪਾਂ ਨੇ ਸਾਡਾ ਤਖਤ ਅਕਾਲ ਉਡਾ ਦਿੱਤਾ, ਸ੍ਰੀ ਹਰਮੰਦਰ ਲਈ ਯੋਧਿਆਂ ਨੇ ਹੈ ਆਪਣਾ ਜੀਵਨ ਲਾ ਦਿੱਤਾ। ਹੱਥ ਜੋੜ ਪ੍ਰਣਾਮ ਸ਼ਹੀਦਾਂ ਨੂੰ, ਹੱਥ ਜੋੜ ਪ੍ਰਣਾਮ ਸ਼ਹੀਦਾਂ ਨੂੰ, ਜੋ ਲਾੜੀ ਮੌਤ ਵਿਆ ਜਾਂਦੇ, ਜਦ ਜੂਨ ਮਹੀਨਾ ਚੜ੍ਹਦਾ ਹੈ ਅੱਖਾਂ ਵਿੱਚ ਅਥਰੂ ਆ ਜਾਂਦੇ, ਅੱਖਾਂ ਵਿੱਚ ਅਥਰੂ ਆ ਜਾਂਦੇ, ਅੱਖਾਂ ਵਿੱਚ ਅਥਰੂ ਆ ਜਾਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ
ਸੋ ਨਿਹਾਲ। ਸਤਿ ਸ੍ਰੀ ਅਕਾਲ। ਇਹ ਸਨ ਸਾਡੇ ਖਾਲਸਾ ਸਕੂਲ ਫਰੀਮੌਂਟ ਦੇ ਬੱਚੇ ਸਾਹਿਬਜੋਤ ਸਿੰਘ, ਵਿਨੇ ਸਿੰਘ, ਗੁਰਫਤਿਹ ਸਿੰਘ। ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਜੀ ਨੂੰ ਸ਼ਹੀਦਾਂ ਦੇ ਸਮਰਪਿਤ ਇੱਕ ਵਿਸ਼ੀ ਵਾਰ ਰਾਹੀਂ ਨਿਹਾਲ ਕੀਤਾ। ਇਸ ਤੋਂ ਉਪਰੰਤ ਸਾਡੇ ਪਾਸ ਭਾਈ ਮਹਿਲ ਸਿੰਘ ਜੀ ਕਵਿਸ਼ਰੀ ਜੱਥਾ ਚੰਡੀਗੜ੍ਹ ਵਾਲੇ ਆਪ ਜੀ ਨੂੰ ਸ਼ਹੀਦਾਂ ਦੇ ਸਮਰਪਿਤ ਕਵਿਸ਼ਰੀ ਵਾਰਾਂ ਰਾਹੀਂ 15-20 ਮਿੰਟ ਲਈ ਨਿਹਾਲ ਕਰਨਗੇ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂ ਜੋ ਸਾਡੇ ਸੱਜੇ ਪਾਸੇ ਉਧਰੋਂ ਦੂਜੇ ਪਾਸਿਓਂ ਪ੍ਰੋਟੈਸਟ ਹੋ ਰਿਹਾ ਵੀ ਕੋਈ ਵੀ ਸੰਗਤ ਉੱਥੇ ਨਾ ਜਾਵੇ, ਸਾਰੇ ਆ ਕੇ ਪੰਡਾਲ ਦੇ ਵਿੱਚ ਬੈਠੋ। ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਰੇ ਆਪਾਂ ਇੱਧਰ ਆ ਕੇ ਪੰਡਾਲ ਦੇ ਵਿੱਚ ਬੈਠੋ। ਆਓ ਹੁਣ ਆਪਾਂ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਮਹਿਲ ਸਿੰਘ ਜੀ ਤੇ ਉਹਨਾਂ ਦੇ ਜੱਥੇ ਪਾਸੋਂ ਕਵਿਸ਼ਰੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਰਹਿਣ ਦਾ ਉਹ ਦੋਨੇ ਲੈ ਲਓ। ਆਹੀ ਮੈਂ ਕਦੋਂ ਵਰਤ ਲੈਣੇ ਉਹ ਲਾਗੇ ਕਰ ਲੈਣੇ। ਵਾਹਿਗੁਰੂ ਜੀ, ਧੰਨਵਾਦ। ਕਦੇ ਮੰਗਿਆ ਕਿਸੇ ਨਾਰਾਜ ਦਿੱਤੇ, ਰਾਜ ਤਾਬਿਆ ਸਦਾ ਤਲਵਾਰ ਦੇ ਨੇ। ਰਾਜ ਇਤਫਾਕ ਦੇ, ਰਾਜ ਇੱਕ ਇਤਫਾਕ ਦੇ, ਮਗਰਿਓਂ ਦੇ ਰਾਜ ਆਸ਼ਕ ਤੇਗ ਦੀ ਧਾਰ ਦੇ ਨੇ। ਰਾਜ ਮੰਗਦੇ ਖੂਨ ਬਹਾਦਰਾਂ ਦਾ, ਜਿਹੜੇ ਕੌਮ ਬਦਲੇ ਜਾਨਾਂ ਵਾਰਦੇ ਨੇ। ਆਉਣ ਲੱਗੇ ਵੀ ਖੂਨ ਦੇ ਨਾਲ ਆਉਂਦੇ, ਤੇ ਜਾਣ ਲੱਗੇ ਵੀ ਖੂਨ ਖਲਾਰਦੇ ਨੇ। सूरा सो पहचानिए जो लरे दीन के हेद, पुरजा पुरजा कट मरे कबहू न छाडे खेत। नाल जुल्म दे जूझ दे सूरबीर बलवान, सदा लड़ाई सच दी लड़दे शेर जवान। चित ला के सुनियो गुरसिखो, एक योदा पर उपकारी सी, जो तरमी हमी सचदा सी, ते सिदक दी मूरत पारी सी। ओ पंजवा गुर पुंज उपकारा दा, जे करिए गल उपकारा दी, जो सजदे पहरेदार बने, गल करिए सिख सरदारा दी। दिल्ली वाल सतगुर जी तुर पै, अज हिंद दा धर्म बचाउणा है। अंजाम पुछ के की करना, जे पर उपकार कमाउणा है। ओ विच देग उबालिया सतगुर नूं, हद हो गई अत्याचारां दी, जो सजदे पहरेदार बने, गल करिए सिख सरदारां दी। आगे हेठ तवी दे बलदी रही, ते गरम रेत सिर पाउंदे रह, खुली नहीं
ਸਮਾਧੀ ਸਿਦਕੀ ਦੀ ਜ਼ਾਲਮ ਟਿਲ ਸਾਰਾ ਲਾਉਂਦੇ ਰਹਿ। ਉਹ ਵਿੱਚ ਦੇਗ ਉਬਾਲਿਆ ਸਤਿਗੁਰ ਨੂੰ ਹੱਦ ਹੋ ਗਈ ਅਤਿਆਚਾਰਾਂ ਦੀ। ਜੋ ਸਜਦੇ ਪਹਿਰੇਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ। ਜਦੋਂ ਚੜਿਆ ਦਿਨ ਵਿਸਾਖੀ ਦਾ ਸਿਰ ਦੇਣ ਲਈ ਦਾਨੀ ਉੱਠੇ ਸੀ। ਸਿਰ ਲੈ ਸਰਦਾਰੀ ਦੇ ਦਿੱਤੀ ਰਹਿਮਤ ਵਿੱਚ ਸਤਿਗੁਰ ਤੁਠੇ ਸੀ। ਵੀ ਕੋਟ ਪਵਿੱਤਰ ਅੰਮ੍ਰਿਤ ਦਾ ਰੂਪ ਬਦਲੀ ਕਈ ਹਜ਼ਾਰਾਂ ਦੀ। ਜੋ ਸਜਦੇ ਪਹਿਰੇਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ। ਜ਼ਾਲਮ ਦੀਆਂ ਤੇਗਾਂ ਟੁੱਟ ਗਈਆਂ ਨਾ ਟੁੱਟਿਆ ਸਿਦਕ ਦਲੇਰਾਂ ਦਾ। ਬੰਦ ਬੰਦ ਕਟਵਾਉਂਦੇ ਦੱਸ ਦੱਸ ਕੇ ਤਨ ਜਿਗਰਾ ਬੱਬਰ ਸ਼ੇਰਾਂ ਦਾ। ਉਹ ਜ਼ਿੰਦਗੀ ਮੌਤੋਂ ਪੈਣੀ ਏ ਭਾਵੇਂ ਲੰਮੀ ਉਮਰ ਗਦਾਰਾਂ ਦੀ। ਜੋ ਸਜਦੇ ਪਹਿਰੇਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ। ਸਤਾਰੂ ਸਿੰਘ ਫਰਮਾਇਆ ਮੈਨੂੰ ਜਾਨੂ ਕੇਸ ਪਿਆਰੇ ਨੇ। ਜ਼ਾਲਮ ਨੇ ਤਿੱਖੀ ਰੰਬੀ ਲੈ ਚੱਟ ਖੋਪਰ ਸਿਰੋਂ ਉਤਾਰੇ ਨੇ। ਉਹ ਇਤਿਹਾਸ ਗਵਾਈ ਪਰਦਾਰੂ ਇਤੇ ਕੇਸਾਂ ਤੇ ਸਤਕਾਰਾਂ ਦੀ। ਜੋ ਸਜਦੇ ਪਹਿਰੇਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ। ਅਟਕਦੇ ਅਟਕਾਂ ਦੇ ਜਦ ਸਿੱਖ ਆਈ ਤੇ ਆ ਜਾਂਦੇ। ਜਦ ਭੜਕ ਮਾਰਦਾ ਸੀ ਨਲੂਆ ਅਫਗਾਨੀ ਥਰ ਥਰਾ ਜਾਂਦੇ। ਉਹ ਪ੍ਰਤੱਖ ਮਿਸਾਲ ਹੈ ਨਲੂਏ ਦੀ ਗੱਲ ਕਰੀਏ ਜੇ ਕਰਦਾਰਾਂ ਦੀ। ਜੋ ਸਜਦੇ ਪਹਿਰੇਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ। ਓ ਜਦ ਦਿਲ ਦੀ ਖੋਟੀ ਦਿੱਲੀ ਨੇ ਜਦ ਦਿਲ ਦੀ ਖੋਟੀ ਦਿੱਲੀ ਨੇ ਪੰਜਾਬ 'ਚ ਅੱਤ ਮਚਾਈ ਸੀ। ਫਿਰ ਪਿੰਡਰਾਂ ਵਾਲੇ ਯੋਧੇ ਨੇ ਸੁੱਤੀ ਹੋਈ ਕੌਮ ਜਗਾਈ ਸੀ। ਉਹ ਜਦ ਹੱਕ ਦਬਾਏ ਜਾਂਦੇ ਨੇ ਪਈ ਲੋੜ ਅਮਰ ਹਥਿਆਰਾਂ ਦੀ। ਜੋ ਸਜਦੇ ਪਹਿਰੇਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ। ਅੱਜ ਦਾ ਸਮਾਗਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਉਹਨਾਂ ਦੀ ਲਸਾਨੀ ਕੁਰਬਾਨੀ ਨੂੰ ਸਮਰਪਿਤ ਔਰ ਜੂਨ 1984 ਵਿੱਚ ਜੋ ਭਾਰਤ ਦੀ ਸਰਕਾਰ ਵੱਲੋਂ ਕੀਤਾ ਹੋਇਆ ਸ੍ਰੀ ਅਕਾਲ ਤਖਤ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਉਹਦਾ ਮੂੰਹ ਤੋੜਵਾਂ ਜਵਾਬ ਦੇਣ ਵਾਲੇ ਬਾਬਾ ਏ ਕੌਮ ਸੰਤ ਬਾਬਾ ਜਰਨੈਲ ਸਿੰਘ ਔਰ ਉਹਨਾਂ ਦੇ ਸਾਥੀਆਂ ਦੀ ਯਾਦ ਨੂੰ ਸਮਰਪਿਤ ਹੈ। ਆਓ ਬੜੀ ਬੜੀ ਦੂਰ ਤੋਂ ਸੰਗਤਾਂ ਗੁਰੂ ਕਿਰਪਾ ਕਰੇ ਬੜੀ ਬੜੀ ਦੂਰ ਤੋਂ ਸੰਗਤਾਂ ਇਹਦੇ ਵਿੱਚ ਸਮਾਗਮ ਵਿੱਚ ਹਾਜ਼ਰੀ ਭਰ ਰਹੇ ਆ। ਸਟਾਕਟਨ ਤੋਂ ਬੇਅੰਤ ਸੰਗਤਾਂ ਆਈਆਂ, ਅਜੂਬਾ ਸਿਟੀ ਤੋਂ, ਐਲਸ ਬਰਾਟੇ ਤੋਂ, ਇਧਰ ਫ੍ਰਿਜਨੋ ਤੋਂ, ਬਹੁਤ ਦੂਰ ਤੋਂ ਸੰਗਤਾਂ ਇੱਥੇ ਹਾਜ਼ਰੀ ਭਰ ਰਹੀਆਂ। ਇੱਕ ਵਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਦਬੀ ਸੀ ਝੁਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਮੇਰੇ ਵੀਰ ਜਿਹੜੇ ਇੱਧਰੋਂ ਧਿਆਨ ਤੋੜ ਕੇ ਆਪਣਾ ਤੇ ਆਪਣੇ ਸਮਾਗਮ ਚ ਆ ਕੇ ਬੈਠੋ। ਗੁਰੂ ਕਿਰਪਾ ਕਰੇ ਸਾਡੇ ਤੋਂ ਪਹਿਲਾਂ ਛੋਟੇ ਛੋਟੇ ਬੱਚੇ ਜੋ ਸਾਡੀ ਦੁਰਗਤੀ ਭਾਰਤ ਦੀ ਸਰਕਾਰ ਨੇ ਕੀਤੀ, ਕਿਸ ਤਰ੍ਹਾਂ ਕੋ ਕੇ ਬੱਚਿਆਂ ਨੂੰ ਮਾਰਿਆ ਗਿਆ,
ਕਿਸ ਤਰ੍ਹਾਂ ਬੀਬੀਆਂ ਦੀ ਬੇਪਤੀ ਕੀਤੀ, ਉਹ ਖੂਨੀ ਸਾਕਾ ਆਪ ਸਰਵਣ ਕਰ ਰਹੇ ਸੀ। ਗੁਰੂ ਕੇ ਸਿੱਖੋ, ਸਰਕਾਰ ਨੇ ਸਾਰੇ ਕਾਨੂੰਨ ਛਿੱਕੇ ਤੇ ਟੰਗ ਕੇ ਕਿੰਨੀ ਬੇਰਹਿਮੀ ਦੇ ਨਾਲ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ। ਇੱਕ ਸਿੰਘ ਦੀ ਘਟਨਾ ਹੈ, ਆਂਦਾ ਮੈਂ ਜਿਹੜਾ ਜੋਧਪੁਰ ਦੀ ਜੇਲ੍ਹ ਚੋਂ ਆਇਆ, ਆਂਦਾ ਮੈਨੂੰ ਮੇਰੇ ਹੱਥ ਪੈਰ ਬੰਨ੍ਹ ਕੇ ਤੇ ਲੀੜੇ ਲਵਾ ਕੇ ਗਰਮ ਸੜਕ ਤੇ ਸੁੱਟਤਾ ਨਾ। ਮੇਰਾ ਮਾਸ ਜਿਹੜਾ ਉਹ ਪਿੱਠ ਦਾ ਉੱਚੜ ਚੁੱਕਾ ਸੀ। ਮੇਰੇ ਵੇਂਦਿਆਂ ਵੇਂਦਿਆਂ ਇੱਕ ਬਜ਼ੁਰਗ ਆਪਣੇ ਪੁੱਤਰ ਦੀ ਲਾਸ਼ ਉੱਤੇ ਰੋ ਰਿਹਾ ਸੀ ਤੇ ਪੁਲਿਸ ਵਾਲੇ ਲੋਥਾਂ ਚੁੱਕ ਕੇ ਟਰੱਕਾਂ ਵਿੱਚ ਸੁੱਟ ਰਹੇ ਸਨ। ਵਾਹਿਗੁਰੂ। ਉਹ ਬਜ਼ੁਰਗ ਨੂੰ ਰੋਂਦੇ ਨੂੰ ਠੁੱਡਾ ਮਾਰ ਕੇ ਉਸ ਦੀ ਪੁੱਤ ਦੀ ਲਾਸ਼ ਚੁੱਕ ਕੇ ਤੇ ਟਰੱਕ ਵਿੱਚ ਸੁੱਟੀ। ਉਹ ਬਜ਼ੁਰਗ ਮਗਰ ਭੱਜਣ ਲੱਗਾ ਆਪਣੇ ਪੁੱਤਰ ਦੇ, ਉਹਨੂੰ ਜਿਉਂਦੇ ਨੂੰ ਟਰੱਕ ਵਿੱਚ ਸੁੱਟ ਕੇ ਤੇ ਉੱਤੇ ਲਾਸ਼ਾਂ ਸੁੱਟਣੀਆਂ ਸ਼ੁਰੂ ਕਰਤੀਆਂ। ਇੰਨੀ ਦੁਰਦਸ਼ਾ ਔਰ ਇੰਨੀ ਬੇਪਤੀ ਸਾਡੀ ਕੀਤੀ। ਗੁਰੂ ਕੇ ਸਿੱਖੋ, ਇੱਕ ਨਾ ਮਨ ਹਰਾ ਰਹੀਆਂ ਦਾ ਡਰ ਡਹਿ ਜਾਂਦਾ ਹੈ ਕਿ ਇੰਨਾ ਵਹਿਸ਼ੀ ਹਮਲਾ ਭਾਰਤ ਦੀ ਸਰਕਾਰ ਨੇ ਕੋ ਕੇ ਬੱਚਿਆਂ ਨੂੰ ਮਾਰਿਆ। ਉਹ ਸਾਰਾ ਸੀਨ ਤੁਹਾਡੀ ਸੇਵਾ ਵਿੱਚ ਜੋੜੀ ਬਿਆਨ ਕਰ ਰਹੀ ਹੈ। ਭੁੱਲ ਨਾ ਜਾਈਏ ਸਿੰਘੋ, ਸਾਕਾ ਜੂਨ 84 ਦਾ। ਅਣਖ ਆਣ ਲਈ ਮਰਨਾ ਦਿੱਤੀ ਗੁਰਾਂ ਨੇ ਸਿੱਖਿਆ ਹੈ। ਅਣਖ ਆਣ ਲਈ ਮਰਨਾ ਦਿੱਤੀ ਗੁਰਾਂ ਨੇ ਸਿੱਖਿਆ ਹੈ। ਦੀਨ ਹਿਤ ਹੈ ਲੜਨਾ ਵਿੱਚ ਗੁਰਬਾਣੀ ਲਿਖਿਆ ਹੈ। ਦੀਨ ਹਿਤ ਹੈ ਲੜਨਾ ਵਿੱਚ ਗੁਰਬਾਣੀ ਲਿਖਿਆ ਹੈ। ਓ ਹੱਸ ਹੱਸ ਕੇ ਚੁੰਮਾਂਗੇ ਅਸੀਂ ਜ਼ੁਲਮੀ ਫਾਂਸੀ ਨੂੰ, ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 84 ਨੂੰ, ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 84 ਨੂੰ। ਅਣਖ ਆਣ ਲਈ ਮਰਨਾ, ਅਣਖ ਆਣ ਲਈ ਮਰਨਾ, ਅਣਖ ਆਣ ਲਈ ਮਰਨਾ ਦਿੱਤੀ ਗੁਰਾਂ ਨੇ ਸਿੱਖਿਆ ਹੈ। ਦੀਨ ਹਿਤ ਹੈ ਲੜਨਾ ਵਿੱਚ ਗੁਰਬਾਣੀ ਲਿਖਿਆ ਹੈ। ਦੀਨ ਹਿਤ ਹੈ ਲੜਨਾ ਵਿੱਚ ਗੁਰਬਾਣੀ ਲਿਖਿਆ ਹੈ। ਓ ਹੱਸ ਹੱਸ ਕੇ ਚੁੰਮਾਂਗੇ ਅਸੀਂ ਜ਼ੁਲਮੀ ਫਾਂਸੀ ਨੂੰ, ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 84 ਨੂੰ, ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 84 ਨੂੰ। ਕਦੇ ਬਦਾਲੀ ਮੋਮਨਾਂ ਨੇ ਆ ਜ਼ੁਲਮ ਕਮਾਏ ਨੇ, ਸਿੱਖ ਮੁਕਾਇਆ ਮੁੱਕੇ ਨਹੀਂ ਹੋਏ ਦੂਣ ਸਵਾਏ ਨੇ। ਸਿੱਖ ਮੁਕਾਇਆ ਮੁੱਕੇ ਨਹੀਂ ਹੋਏ ਦੂਣ ਸਵਾਏ ਨੇ। ਉਹ ਡਰ ਨਾ ਕਦੇ ਸਤਾਉਂਦਾ ਹੈ ਅਨੰਦਪੁਰ ਦੇ ਵਾਸੀ ਨੂੰ, ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 84 ਨੂੰ, ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 84 ਨੂੰ। ਹੱਕਾਂ ਖਾਤਰ ਲੜਨਾ, ਹੱਕਾਂ ਖਾਤਰ ਲੜਦੇ ਰਹਿਣਾ, ਪਿੱਛੇ ਹਟਣਾ ਨਹੀਂ। ਵੇਚ ਕੌਮ ਦੇ ਹਿੱਤ ਕਦੇ ਅਸੀਂ ਮੁੱਲ ਨੂੰ ਵਟਣਾ ਨਹੀਂ। ਵੇਚ ਕੌਮ ਦੇ ਹਿੱਤ ਕਦੇ ਅਸੀਂ ਮੁੱਲ ਨੂੰ ਵਟਣਾ ਨਹੀਂ। ਉਹ ਕਰਨਾ ਹੈ ਹੁਣ ਦੂਰ ਕੌਮ ਤੇ ਸ਼ਾਹੀ ਉਦਾਸੀ ਨੂੰ, ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 84 ਨੂੰ, ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 84 ਨੂੰ। ਦਿੱਲੀ ਨਾ ਬਰਦਾਸ਼ਤ ਕਰੇ ਜੀ ਸਾਡੀਆਂ ਪੱਗਾਂ ਨੂੰ, ਜਾਣ ਬੁੱਝ ਕੇ ਲਾਉਂਦੀ ਏ ਪੰਜਾਬ 'ਚ ਅੱਗਾਂ ਨੂੰ, ਜਾਣ ਬੁੱਝ ਕੇ ਲਾਉਂਦੀ ਏ ਪੰਜਾਬ 'ਚ ਅੱਗਾਂ ਨੂੰ। ਉਹ ਬੂਰ ਕਦੇ ਨਾ ਪੈਣੇ ਨੇ ਉਸ ਦੀ ਜਟਪਾਸੀ ਨੂੰ, ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 84 ਨੂੰ, ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 84 ਨੂੰ। ਹਾਕਮਾਂ ਜ਼ੋਰ ਲਗਾਇਆ ਨਾ ਸਿੱਖ ਚੁੱਕੇ ਚੁਕਾਇਆ ਤੋਂ, ਚੱਲਦੇ ਗੋਲੇ ਤੋਪਾਂ ਦੇ ਨਾ ਡਰੇ ਡਰਾਇਆ ਤੋਂ, ਚੱਲਦੇ ਗੋਲੇ ਤੋਪਾਂ ਦੇ ਨਾ ਡਰੇ ਡਰਾਇਆ ਤੋਂ। ਉਹ ਫਿਕਰ ਸਾਡੀ ਹੈ ਸਦਾ ਉਸ ਕਰਦੇ ਅਬਨਾਸੀ ਨੂੰ,
ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 84 ਨੂੰ, ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 84 ਨੂੰ। ਓਏ ਟੱਠਾ ਤਖਤ ਅਕਾਲ ਦਾ ਸਾਡੇ ਦਿਲ ਵਿੱਚ ਰਹਿਣਾ ਏ, ਇਸ ਤਖਤ ਦੇ ਅੱਗੇ ਦਿੱਲੀਏ ਝੁਕਣਾ ਪੈਣਾ ਏ, ਇਸ ਤਖਤ ਦੇ ਅੱਗੇ ਦਿੱਲੀਏ ਝੁਕਣਾ ਪੈਣਾ ਏ। ਓ ਖਾਲਸੇ ਆ ਕੇ ਕਰਨਾ ਹੈ ਤੇਰੀ ਬੰਦ ਖਲਾਸੀ ਨੂੰ, ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 84 ਨੂੰ, ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 84 ਨੂੰ। ਡੁੱਲਿਆ ਖੂਨ ਸ਼ਹੀਦਾਂ ਦਾ ਨਾ ਬਿਰਥਾ ਜਾਵੇਗਾ, ਗੁਰੂ ਲਾਲ ਸਿੰਘ ਜੁਗਰਾਜ ਕਵੀਸ਼ਰ ਨਗਮੇ ਗਾਵੇਗਾ, ਗੁਰੂ ਲਾਲ ਸਿੰਘ ਜੁਗਰਾਜ ਕਵੀਸ਼ਰ ਨਗਮੇ ਗਾਵੇਗਾ। ਤੀਰ ਲਿਖੂ ਸ਼ਨ ਉਹਨਾਂ ਦੇ ਜਿੰਦ ਕਰਨਗੇ ਰਾਸ਼ੀ ਨੂੰ, ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 84 ਨੂੰ, ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 84 ਨੂੰ। ਸਤਿ ਸ੍ਰੀ ਅਕਾਲ। ਪੰਜ ਪਿਆਰੇ ਸੇਵਾ ਨਿਭਾਉਣ ਲਈ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਦੇ ਸਮੂਹ ਸਿੰਘਾਂ ਨੇ ਬੜੀ ਸ਼ਰਧਾ ਤੇ ਭਾਵਨਾ ਨਾਲ ਗੱਤਕੇ ਦੇ ਜੋਰ ਦਿਖਾਏ। ਜੀ ਆਇਆਂ ਨੂੰ ਗੁਰੂ ਕਿਰਪਾ ਕਰੇ। ਜਿਨ੍ਹਾਂ 8 ਦਿਨ ਸਾਨੂੰ ਮਾਣ ਦਿੱਤਾ, ਵੀਰ ਜਸਵਿੰਦਰ ਸਿੰਘ ਜੀ ਜੰਡੀ, ਜਗਰੂਪ ਸਿੰਘ ਜੀ, ਭਾਈ ਜਤਿੰਦਰ ਸਿੰਘ ਜੀ, ਭਾਈ ਹਰਪਾਲ ਸਿੰਘ ਜੀ, ਭਾਈ ਬਲਜੀਤ ਸਿੰਘ ਜੀ ਹੰਸਰੋ ਔਰ ਭਾਈ ਤਰਸੇਮ ਸਿੰਘ ਜੀ, ਬਹੁਤ ਮਾਣ ਦੇ ਕੇ ਡਾਕਟਰ ਅਮਰਜੀਤ ਸਿੰਘ, ਉਹਨਾਂ ਵੀ ਸਾਡੇ ਤੋਂ ਬਾਅਦ ਹਾਜ਼ਰੀ ਭਰਨੀ ਆ। ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਨੂੰ ਜਿਉ ਆਇਆ। ਕੌਮਾਂ ਜਦੋਂ ਮਰ ਲੱਗਣ ਨਾ ਤੇ ਫਿਰ ਸ਼ਹੀਦ ਆਪਣਾ ਖੂਨ ਡੋਲ ਕੇ ਉਹਨਾਂ ਕੌਮਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੰਦੇ ਆ। ਸੱਚ ਹੈ। ਤੁਸੀਂ ਵੇਖਦੇ ਕੋਈ ਬੰਦਾ ਮਰਿਆ ਹੋਵੇ ਨਾ, ਤੇ ਡਾਕਟਰਾਂ ਦੀ ਇਹ ਰਾਏ ਹੁੰਦੀ ਹੈ ਕਿ ਇਹਨੂੰ ਖੂਨ ਦੀਆਂ ਬੋਤਲਾਂ ਚੜਾਈਆਂ ਜਾਣ, ਇਹਦੇ ਵਿੱਚ ਖੂਨ ਦੀ ਬੜੀ ਕਮੀ ਆ, ਤੇ ਮਰਦੇ ਬੰਦੇ ਨੂੰ ਖੂਨ ਦੇ ਕੇ ਬਚਾ ਲਿਆ ਜਾਂਦਾ। ਵਾਹ ਵਾਹ। ਜਦੋਂ ਕੌਮਾਂ ਮਰ ਲੱਗਣ ਫਿਰ ਸ਼ਹੀਦ ਆਪਣਾ ਖੂਨ ਡੋਲ ਕੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੰਦੇ ਆ। ਇੱਕ ਮਿੰਟ ਮੰਨ ਲਿਆ ਜਾਏ ਕਿ ਸੰਤ ਬਾਬਾ ਜਰਨੈਲ ਸਿੰਘ ਨੇ ਭਾਰਤ ਦੀ ਸਰਕਾਰ ਦੇ ਨਾਲ ਸ਼ਸਤਰਾਂ ਦੇ ਨਾਲ ਆਪਣਾ ਜੰਗ ਜਾਰੀ ਕੀਤਾ। ਇੱਕ ਮਿੰਟ ਮੰਨ ਲਈ ਨੇ, ਪਰ ਕੀਤਾ ਕਿਹਦੇ ਵਾਸਤੇ? ਸਾਡੇ ਵਾਸਤੇ ਕੀਤਾ ਨਾ। ਪਰ ਜਿਹੜੇ ਉੱਥੇ ਝਾੜੂ ਫੇਰਦੇ ਸੀ, ਜਿਹੜੇ ਜੋੜੇ ਝਾੜਦੇ ਸੀ, ਜਿਹੜੇ ਲੰਗਰ ਵਰਤਾਉਂਦੇ ਸੀ, ਜਿਹੜੇ ਸ਼ਰਧਾਲੂ ਆਏ ਸੀ, ਉਹਨਾਂ ਦਾ ਕੀ ਕਸੂਰ ਸੀ? ਇੱਕ ਅਧਿਆਪਕ ਆਰ ਕੇ ਦਰਸ਼ੀ, ਜਿਹੜਾ ਇੱਕ ਸਰਕਾਰੀ ਅਫਸਰ ਆ, ਉਹ ਇੱਕ ਦਿਲ ਕਮਾਊ ਘਟਨਾ ਲਿਖਦਾ ਉਸ ਕਿਤਾਬ ਦੇ ਵਿੱਚ, ਜਿਹਦਾ ਨਾਮ ਜਾਂ ਬਾਹਰ ਰਾਖਾ ਹੈ। ਸਹਿਜ ਜਗਰੂਪ ਸਿੰਘ ਨੇ ਉਹ ਕਿਤਾਬ ਪੜ੍ਹੀ ਹੋਵੇ। ਗੁਰੂ ਕੇ ਸਿੱਖੋ, 2 ਅਧਿਆਪਕ ਪੌਂਟਾ ਸਾਹਿਬ ਖਾਲਸਾ ਕਾਲਜ ਤੋਂ 65 ਬੱਚੇ ਲੈ ਕੇ ਆਏ ਸੀ, ਜਿਨ੍ਹਾਂ ਦੀ ਉਮਰ 6 ਤੋਂ 14 ਸਾਲ ਦੀ ਸੀ। ਵਾਹਿਗੁਰੂ। 2 ਜੂਨ ਨੂੰ ਦਰਸ਼ਨ ਕਰਾਉਣ ਵਾਸਤੇ ਆਇਆ। ਕਰਫਿਊ ਬਹੁਤ ਸਖਤ ਕਰਤਾ, ਕੋਈ ਰਸਤਾ ਨਹੀਂ ਸੀ ਨਿਕਲਣ ਦਾ। ਉਹਨਾਂ ਨੇ ਇੱਕ ਗੁਰੂ ਰਾਮਦਾਸ ਸਰਾਂ ਦੇ ਵਿੱਚ ਹਾਲ ਦੇ ਵਿੱਚ ਉਹਨਾਂ ਬੱਚਿਆਂ ਨੂੰ ਉਠਾਇਆ। 5 ਤੇ 6 ਜੂਨ ਦੀ ਵਿਚਲੀ ਰਾਤ ਨੂੰ ਉਹਨਾਂ ਖੂਨਖਾਰ ਭੇੜੀਆਂ ਫੌਜੀਆਂ ਨੇ 33 ਬੱਚੇ ਗੋਲੀਆਂ ਮਾਰ ਕੇ ਭੁੰਨ ਦਿੱਤੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਰਾਜਸਥਾਨ ਤੋਂ ਪਰਿਵਾਰ ਜਿਹਦੀਆਂ 5 ਧੀਆਂ ਸਨ, ਤੇ ਕਿਸੇ ਨੇ ਆਖਿਆ ਗੁਰੂ ਰਾਮਦਾਸ ਦੇ ਦਰ ਤੇ ਅਰਦਾਸ ਕਰ, ਤੈਨੂੰ ਪੁੱਤਰ ਵੀ ਰੱਬ ਦੇਵੇਗਾ। ਅਰਦਾਸ ਕੀਤੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਉਹਨੂੰ ਪੁੱਤਰ ਦਿੱਤਾ। ਉਹਦਾ ਨਾਮ ਉਹਨੇ ਨਿਸ਼ਾਨ ਸਿੰਘ ਰੱਖਿਆ, ਤੇ ਆਪਣੇ ਪਰਿਵਾਰ ਨੂੰ ਲੈ, ਆਪਣੀ ਘਰਵਾਲੀ ਤੇ ਆਪਣੇ ਬੱਚੇ ਨੂੰ ਲੈ ਕੇ ਸੁਖਨਾ ਲਾਉਣ ਵਾਸਤੇ ਆਇਆ ਸੀ। ਜਿਸ ਕਮਰੇ 'ਚ 7 ਬੰਦਿਆਂ ਦਾ ਥਾਂ ਸੀ ਨਾ, ਉੱਥੇ 35 ਬੰਦੇ ਅੰਦਰ ਵਾੜ ਕੇ ਤੇ ਉਹਨਾਂ ਨੂੰ ਡਰਾ ਕੇ ਜੇ ਕੋਈ ਬਾਹਰ ਨਿਕਲੇ ਤੇ ਗੋਲੀ ਉਹਨੂੰ ਮਾਰ ਦਿੱਤੀ ਜਾਊਗੀ।
ਉਹ ਬੱਚਾ ਨਿਸ਼ਾਨ ਸਿੰਘ ਉਹ ਵਿਲਕ ਰਿਹਾ ਸੀ, ਮਾਂ ਦੇ ਕੋਲੋਂ ਪਾਣੀ ਪਾਣੀ ਮੰਗ ਰਿਹਾ ਸੀ। ਉਹਨੇ ਫੌਜੀਆਂ ਨੂੰ ਆਖਿਆ ਮੇਰਾ ਬੱਚਾ ਪਾਣੀ ਖਣੋਂ ਮਰ ਚਲਿਆ, ਜੇ ਤੁਸੀਂ ਪਾਣੀ ਦੇ ਦਿਓ ਤੇ ਮੇਰਾ ਚਿਰਾਗ ਜਗਦਾ ਰਹੇਗਾ। ਉਹਨੂੰ ਪਾਣੀ ਤੋਂ ਬਿਨਾ ਉਹ ਪਿਆਸਾ ਮਾਰਿਆ ਗਿਆ। ਜਦੋਂ ਉਹ ਵਾਪਸ ਜਾਂਦਾ ਉਹਦੀ ਘਰਵਾਲੀ ਵੀ ਉੱਥੇ ਮਰ ਜਾਂਦੀ ਆ। ਉਹ 5 ਧੀਆਂ ਦਾ ਪਿਓ ਜਦੋਂ ਰਾਜਸਥਾਨ ਵਾਪਸ ਖਾਲੀ ਜਾ ਰਿਹਾ, ਧੀਆਂ ਰੋ ਰੋ ਕੇ ਗੱਲ ਲੱਗ ਕੇ ਬਾਪ ਦੇ ਕਿਸ ਤਰ੍ਹਾਂ ਆਪਣਾ ਦੁੱਖ ਦੱਸ ਰਹੀਆਂ। ਉਹ ਉੱਥੋਂ ਦੀ ਕਹਾਣੀ ਕਿਸ ਤਰ੍ਹਾਂ ਦੱਸ ਰਿਹਾ, ਦਰਦਨਾਕ ਸਾਕਾ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਵੀ। ਉਹ ਪੰਜੇ ਪੈਣਾ ਰੋਪੀਆਂ ਨੈਣਾ ਚੋਂ ਸੁੱਟ ਕੇ ਨੀਰ, ਜਦੋਂ ਬਾਬਲ ਖਾਲੀ ਆ ਗਿਆ ਉਹਦੇ ਨਾਲ ਨਾ ਦਿਸਿਆ ਵੀਰ। ਉਹ ਮਾਰਤ ਵਥਣਾ ਪਿੱਟੀਆਂ ਰੋ ਰੋ ਕੇ ਤੇ ਬੇਤੀਰ, ਤੱਕ ਬਾਪ ਵਿਚਾਰਾ ਰੋ ਪਿਆ, ਤੱਕ ਬਾਪ ਵਿਚਾਰਾ ਰੋ ਪਿਆ, ਜਿਹਦੀ ਕਿਸਮਤ ਬੜੀ ਫਕੀਰ। ਉਹ ਪੰਜੇ ਪੈਣਾ ਰੋ ਪਿਆ ਨੈਣਾ ਚੋਂ ਸੁੱਟ ਕੇ ਨੀਰ, ਜਦੋਂ ਬਾਬਲ ਖਾਲੀ ਆ ਗਿਆ ਉਹਦੇ ਨਾਲ ਨਾ ਦਿਸਿਆ ਵੀਰ। ਉਹ ਮਾਰਤ ਵਥਣਾ ਪਿੱਟੀਆਂ ਰੋ ਰੋ ਕੇ ਤੇ ਬੇਤੀਰ, ਤੱਕ ਬਾਪ ਵਿਚਾਰਾ ਰੋ ਪਿਆ, ਜਿਹਦੀ ਕਿਸਮਤ ਬੜੀ ਫਕੀਰ। ਉਹ ਗਲ ਨਾਲ ਲਾ ਕੇ ਧੀਆਂ ਨੂੰ ਐ ਪਰ ਦਿਲੋਂ ਹੋ ਕੇ ਦਲਗੀਰ, ਕਹਿੰਦਾ ਵੀਰ ਤੁਸਾਂ ਦਾ ਮਰ ਗਿਆ ਪਾਪਣ ਵਰਤ ਗਈ ਤਕਦੀਰ। ਉਹ ਘੁੱਟ ਪਾਣੀ ਨੂੰ ਵਿਲਕਦਾ ਛੱਡ ਆਖਰ ਗਿਆ ਸਰੀਰ, ਨਾਲੇ ਮਾਂ ਤੁਸਾਂ ਦੀ ਮਰ ਗਈ ਜਿਹੜੀ ਰਹੀ ਸੀ ਚਕਾਉਂਦੀ ਸ਼ੀਰ। ਜੋ ਮੈਲ ਉਸਾਰਿਆ ਆਸ ਦਾ ਟੁੱਟੀ ਅੱਧ ਵਿੱਚੋਂ ਸ਼ਤੀਰ, ਹੁਣ ਆਪਾਂ ਰੋਇਆ ਕਰਾਂਗੇ ਉਹਦੀ ਵੇਖ ਵੇਖ ਤਸਵੀਰ। ਉਹ ਉੱਥੇ ਤਣ ਤਣ ਤੋਪਾਂ ਚੱਲੀਆਂ ਜਿੱਥੇ ਬਹਿੰਦਾ ਸੀ ਛੇਵਾਂ ਪੀਰ, ਉਹਨਾਂ ਮਾਰ ਗੋਲੀਆਂ ਵਿੰਨਤਾ ਵਿੰਨਤਾ ਵਿੰਨਤਾ, ਜਿਹਦੀ ਨੀ ਰੱਖੀ ਮੀਆਂ ਮੀਰ। ਉੱਥੇ ਪਾ ਗਏ ਹੱਸ ਸ਼ਹੀਦੀਆਂ ਕਈ ਮਾਵਾਂ ਦੇ ਬਲਬੀਰ, ਕਰ ਧੀਰਜ ਬੇਟਾ ਬੈਠ ਜੋ, ਕਰ ਧੀਰਜ ਬੇਟਾ ਬੈਠ ਜੋ, ਨਹੀਂ ਲੱਭਣਾ ਤੁਹਾਡਾ ਵੀਰ, ਨਹੀਂ ਲੱਭਣਾ ਤੁਹਾਡਾ ਵੀਰ। ਇੰਨਾ ਕਹਿਰ ਜ਼ਾਲਮ ਸਰਕਾਰ ਨੇ ਕੀਤਾ, ਇਹ ਕਿਆਮਤ ਤੱਕ ਭੁੱਲ ਨਹੀਂ ਸਕਦਾ। ਇਹ ਆਂਦੇ ਸੰਤ ਬਾਬਾ ਜਰਨੈਲ ਸਿੰਘ ਨੇ ਜੇ ਮੋਰਚਾ ਅਕਾਲ ਤਖਤ ਤੇ ਨਾਮ ਲਾਉਂਦੇ ਤੇ ਇੰਨਾ ਨੁਕਸਾਨ ਨਹੀਂ ਹੋ ਸਕਣਾ। 6ਵੇਂ ਪਾਤਸ਼ਾਹ ਮਹਾਰਾਜ ਜੀ ਦਾ ਅਕਾਲ ਤਖਤ ਬਣਾਉਣ ਦਾ ਮਕਸਦ ਇਹੋ ਸੀ ਕਿ ਗੁਰੂ ਕੇ ਸਿੱਖੋ ਜਿਹੜੇ ਦੁਨੀਆ ਦੇ ਬਾਦਸ਼ਾਹ ਦੇ ਝੂਠੇ ਤਖਤਾ, ਜਿੱਥੇ ਉਹਨਾਂ ਆਪਣੇ ਕਾਨੂੰਨ ਬਣਾ ਕੇ ਜਨਤਾ ਨੂੰ ਦਬਾ ਕੇ ਰੱਖਿਆ, ਇੱਥੇ ਦੁਖਿਆਰਿਆਂ ਦੇ ਦੁੱਖ ਸੁੱਖ ਇਸ ਅਕਾਲ ਤਖਤ ਤੇ ਸੁਣੇ ਜਾਣਗੇ ਔਰ ਇੱਥੋਂ ਹੀ ਉਹਨਾਂ ਦੇ ਖਿਲਾਫ ਸੰਘਰਸ਼ ਵਿੱਢਿਆ ਜਾਏਗਾ, ਇੱਥੋਂ ਹੀ ਆਗਾਜ਼ ਹੋਏਗਾ ਔਰ ਇੱਥੇ ਲੋਕਾਂ ਨੂੰ ਨਿਆਂ ਮਿਲਣਗੇ। ਸੰਤ ਬਾਬਾ ਜਰਨੈਲ ਸਿੰਘ ਤੋਂ ਕੋਲੋਂ
ਹੋਰ ਇਸ ਤੋਂ ਬਿਹਤਰ ਥਾਂ ਕਿਹੜੀ ਸੀ? ਕਿਉਂਕਿ 6ਵੇਂ ਪਾਤਸ਼ਾਹ ਮਹਾਰਾਜ ਨੇ ਜਦੋਂ ਅਕਾਲ ਤਖਤ ਦੀ ਰਚਨਾ ਕੀਤੀ ਸੀ ਤੇ ਇੱਥੇ ਹੁਕਮ ਕੀਤਾ ਸੀ ਵੀ ਚੰਗੇ ਘੋੜੇ, ਚੰਗੀਆਂ ਜਵਾਨੀਆਂ, ਚੰਗੇ ਸ਼ਸਤਰ ਲੈ ਕੇ ਹਾਜ਼ਰ ਹੋ। ਸੱਚ ਹੈ। ਉਹ ਤੇ ਫਤਿਹ ਬੁਲਾਉਂਦੇ 1-2 ਮਿੰਟ ਦੀ ਕਵਿਤਾ ਮੈਨੂੰ ਹੁਕਮ ਹੋਇਆ। ਸੰਦੀਪ ਸਿੰਘ ਜਿਨ੍ਹਾਂ ਨੇ ਪਿਆਰ ਭਰਿਆ ਸੱਦਾ ਭੇਜ ਕੇ ਫਰੀ ਮੋੜ ਦੀਆਂ ਸੰਗਤਾਂ ਨੇ 8 ਦਿਨ ਸੇਵਾ ਲਈ ਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਿੰਘੋ ਜਿੱਧਰ ਨੂੰ ਲੰਘ ਜਿਆ ਕਰਦੇ ਸੀ, ਨੀਲੀਆਂ ਪੀਲੀਆਂ ਦਸਤਾਰਾਂ ਸਿੰਘਾਂ ਦੇ ਸਿਰਾਂ ਤੇ ਸੋਭਦੀਆਂ ਸੀ। ਸੱਚ ਹੈ। ਉਹਨਾਂ ਦੇ ਇੱਕ ਹੁਕਮ ਤੋਂ ਸਿੱਖ ਖੂਨ ਦੇ ਖਾਲ ਵਗਾ ਦਿਆ ਕਰਦੇ ਸੀ। ਵਾਹ ਵਾਹ। 3 ਲੱਖ ਨੌਜਵਾਨ ਗੱਭਰੂ ਦੀ ਲਿਸਟ ਸੰਤ ਬਾਬਾ ਜਰਨੈਲ ਸਿੰਘ ਦੇ ਹੱਥ ਵਿੱਚ ਸੀ, ਜਿਹੜੇ ਆਪਣੇ ਹੱਕਾਂ ਦੀ ਖਾਤਰ ਐ ਜਾਨਾਂ ਤਲੀ ਤੇ ਰੱਖੀ ਬੈਠੇ ਸੀ। ਵਾਹ ਵਾਹ ਵਾਹ। ਅੱਜ ਪੁੱਤ ਪਿਓ ਦੇ ਆਖੇ ਲੱਗਦਾ। ਆਓ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਮਹਿਤੇ ਤੋਂ ਜਦੋਂ ਸ੍ਰੀ ਅਕਾਲ ਤਖਤ ਨੂੰ ਜਾ ਰਹੇ ਆ, ਨਾਲ ਭਾਈ ਸੁਰਿੰਦਰ ਸਿੰਘ ਸੋਢੀ ਵਰਗੇ ਔਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਭਾਈ ਸਾਹਿਬ ਭਾਈ ਬਾਬਾ ਠਾਰਾ ਸਿੰਘ ਜੀ, ਉਹਨਾਂ ਦੇ ਨਾਲ ਕਿਹੋ ਜਿਹੇ ਸੂਰਮੇ ਉਸ ਕਾਰ ਦਾ ਨਕਸ਼ਾ ਸਭਰਾਵਾਂ ਵਾਲੇ ਅਮਰਜੀਤ ਦੀ ਕਲਮ ਨੇ ਇੰਜ ਕੀਤਾ ਜੀ। ਤੁਰੇ ਮਿੱਤਿਓ ਅੰਮ੍ਰਿਤਸਰ ਵੱਲ ਨੂੰ, ਬੱਬਰ ਸ਼ੇਰ ਤੇ ਸਾਥੀ ਕੁਝ ਨਾਲ ਵੀਰੋ, ਲੈਸ਼ ਸ਼ਸਤਰਾਂ ਦੇ ਨਾਲ ਫੱਬਦੇ ਸੀ, ਜੱਗੋਂ ਮੱਖਰੀ ਚੜਤ ਕਮਾਲ ਵੀਰੋ। ਉਹ ਚੀਦੇ ਰੋਬ ਤੋਂ ਡਰਦੀ ਸਰਕਾਰ ਕੰਬੇ, ਭਿੰਡਰਾਂ ਵਾਲਾ ਸੀ ਵਿੱਚ ਅਸਮਾਨ ਪਾਈ, ਜਾਂਦੀ ਸ਼ੌਕ ਦੀ ਕਾਰਜ ਜਾਰੂਆਂ ਦੀ, ਗੰਨਾ ਸ਼ੀਸ਼ਿਆਂ ਚੋਂ ਦਿਸਣ ਬਾਰ ਪਾਈ। ਉੱਚਾ ਕੱਦ ਤੇ ਲੰਮੀਆਂ ਹਨ ਬਾਵਾਂ, ਅੱਗ ਜੋਸ਼ ਦੀ ਨੈਣਾ ਵਿੱਚ ਭੜਕਦੀ ਹੈ, ਤਕੜੇ ਹਾਕਮਾਂ ਦਾ ਸੰਗ ਪਿਆ ਸੁੱਕਾ, ਬਿਜਲੀ ਮੌਤ ਦੀ ਉਹਨਾਂ ਸਿਰ ਕੜਕਦੀ ਹੈ। ਮੁਖੀ ਚੌਦਵਾਂ ਦਮਦਮੀ ਸੰਸਥਾ ਦਾ, ਕਹਿਣੀ ਕਰਨੀ ਦਾ ਪੂਰਾ ਜਥੇਦਾਰ ਪਾਈ, ਜਾਂਦੀ ਸ਼ੂਕ ਦੀ ਕਾਰਜ ਜਾਰੂਆਂ ਦੀ, ਕੰਨਾਂ ਸ਼ੀਸ਼ਿਆਂ ਚੋਂ ਦਿਸਣ ਬਾਰ ਪਾਈ। ਕੀਤੇ ਬਚਨਾ ਤੇ ਦ੍ਰਿੜ ਰਹਿਣ ਸੂਰੇ, ਵੈਰੀ ਕੁਫਰ ਦੇ ਹਾਮੀ ਸੱਚ ਦੇ ਨੇ, ਜਿਉਣਾ ਸੱਚ ਲਈ ਮਰਨ ਖਾਤਰ, ਲੋੜ ਪੈਣ ਤੇ ਤੇਗਾਂ ਤੇ ਨੱਚਦੇ ਨੇ। ਅੰਮ੍ਰਿਤ ਧਾਰੀ ਪ੍ਰਤੱਖ ਨਟਾਣ ਚਾਹੁੰਦੇ, ਕਣਗੀ ਵਾਲੇ ਦੇ ਸਿੰਘ ਸਰਦਾਰ ਪਾਈ, ਜਾਂਦੀ ਸ਼ੂਕ ਦੀ ਕਾਰਜ ਜਾਰੂਆਂ ਦੀ, ਗੰਨਾ ਸ਼ੀਸ਼ਿਆਂ ਚੋਂ ਦਿਸਣ ਬਾਰ ਪਾਈ। ਭੁੱਲਣ ਲੋਕਾਂ ਦੀ ਸਮਝ ਤੋਂ ਬਾਹਰ ਗੱਲਾਂ, ਕਿਹੜੀ ਗੱਲ ਤੋਂ ਬਾਬੇ ਹਥਿਆਰ ਰੱਖੇ, ਛੇਵੇਂ ਗੁਰਾਂ ਨੇ ਕੀਤਾ ਸਦਾਤ ਲਾਗੂ, ਸ਼ਸਤਰ ਰੱਖੇ ਤੇ ਨਾਲ ਸਤਕਾਰ ਰੱਖੇ। ਕਾੜ ਤਖਤ ਜਿਆ ਚੰਗੀ ਫੌਜ ਰੱਖੀ, ਰੋਕਣ ਮਾਸ ਤੇ ਅੱਤੀਆਂ ਚਾਰ ਪਾਈ, ਜਾਂਦੀ ਸ਼ੂਕ ਦੀ ਕਾਰਜ ਜਾਰੂਆਂ ਦੀ, ਕੰਨਾਂ ਸ਼ੀਸ਼ਿਆਂ ਚੋਂ ਦਿਸਣ ਪਾਰ ਪਾਈ। ਤੀਰ ਹੱਥ ਵਿੱਚ ਸੰਤਾਂ ਦੇ ਦੱਸਦਾ ਹੈ, ਰਾਜ ਕੀਤਾ ਤੇ ਖਾਲਸੇ ਰਾਜ ਕਰਨਾ, ਦਿੱਲੀ ਜਿੱਤ ਕੇ ਦਸ਼ਣਾ ਵਿੱਚ ਦੇਣੀ, ਚੁੱਕਣ ਵਾਲਿਆਂ ਨਾਲ ਲਿਹਾਜ਼ ਕਰਨਾ। ਪਤਾ ਲੱਗੇ ਜਦ ਖਾਲਸਾ ਆ ਰਿਹਾ ਹੈ, ਨਾਗਾ ਛੜ ਲੰਘਦੇ ਠਾਣੇ ਤਾਰ ਪਾਈ, ਜਾਂਦੀ ਸ਼ੂਕ ਦੀ ਕਾਰਜ ਜਾਰੂਆਂ ਦੀ, ਕੰਨਾਂ ਸ਼ੀਸ਼ਿਆਂ ਚੋਂ ਦਿਸਣ ਬਾਰ ਪਾਈ। ਸਾਥੀ ਸੋਢੀ ਤੇ ਭਾਈ ਅਮਰੀਕ ਸਿੰਘ ਜੀ, ਅੱਠੋਂ ਪੈਰ ਹੀ ਬਾਬੇ ਦੇ ਨਾਲ ਰਹਿੰਦੇ, ਕਾਬਲ ਸਿੰਘ ਵਰਗੇ ਗੈਰਤਮੰਦ ਸੂਰੇ, ਵੈਰੀ ਜ਼ੁਲਮ ਦੇ ਸਬਰ ਦੀ ਢਾਲ ਰਹਿੰਦੇ। ਅਮਰਜੀਤ ਸਿਆ ਮੌਤ ਵੀ ਜ਼ਿੰਦਗੀ ਹੈ, ਮਰਦ ਮਰਨ ਨੂੰ ਰਹਿਣ ਤਿਆਰ ਪਾਈ, ਜਾਂਦੀ ਸ਼ੌਕ ਦੇ ਕਾਰਜ ਜਾਰੂਆਂ ਦੀ, ਕੰਨਾਂ ਸ਼ੀਸ਼ਿਆਂ ਚੋਂ ਦਿਸਣ ਬਾਰ ਪਾਈ। ਚੜ੍ਹਦੀ ਕਲਾ ਉਸ ਕੌਮ ਦੀ ਸਦਾ ਰਹਿੰਦੀ,
ਕਹਿਦੀ ਉਹ ਜਿਹੜੀ ਜਿਹੜੀ ਆਪਣੇ ਫਰਜ਼ ਪਛਾਣਦੀ ਏ ਓਏ ਤਖਤਾ ਉਹ ਤਖਤਾ ਤਾਜਾਂ ਤੇ ਲੋਭ ਤੇ ਥੱਕਦੀ ਨਹੀਂ ਤੇ ਸੋਝੀ ਆ ਜਾਵੇ ਆਪਣੀ ਸ਼ਾਨ ਦੀ ਏ ਪਰ ਕਿਸੇ ਦੁਖੀ ਮਜਲੂਮ ਦੀ ਹਾਂ ਸੜ ਕੇ ਇਹ ਬਾਜੀ ਲਾ ਦਿੰਦੀ ਆਪਣੀ ਜਾਨ ਦੀ ਏ ਉਹ ਤੇਰੇ ਪਾਣੇ ਸਰਬੱਤ ਦਾ ਭਲਾ ਹੋਵੇ ਓਏ ਚੰਦਣਾ ਸਿੱਖਿਆ ਤੇਰੇ ਨਿਸ਼ਾਨ ਦੀ ਏ ਨਿਸ਼ਾਨ ਦੀ ਏ ਸਿੰਘੋ ਨਾ ਕਿਸੇ ਤੇ ਵਾਅਦਾ ਕਰੋ ਨਾ ਵਾਅਦਾ ਜਰੋ ਹਾਂਜੀ ਨਿਕਲ ਹੀ ਜਾਣਾ ਹੈਗੇ ਆਂਦੇ ਵੀ ਚਲੇ ਗਏ ਉਹ ਵੀ ਜਿਹੜੇ ਜ਼ਿਆਦਾ ਰੌਲਾ ਪਾਉਂਦੇ ਸੀ ਗੁਰੂ ਕਿਰਪਾ ਕਰੇ ਵਾਹ ਵਾਹ ਖਾਲਸਾ ਗੱਜੇ ਲੰਡੀ ਬੁੱਚੀ ਭਜੇ ਭਾਜਿਆਂ ਨੂੰ ਰਾਹ ਨਾ ਲੱਭੇ ਵਾਹਿਗੁਰੂ ਗੁਰੂ ਕਿਰਪਾ ਕਰੇ ਮਟੀਕੇ ਤੋਂ ਸੰਗਤਾਂ ਸਾਰੀਆਂ ਸੰਗਤਾਂ ਦੂਰ ਦੂਰ ਤੋਂ ਕਿਹਦਾ ਨਾਂ ਲਈਏ ਬਹੁਤ ਅੰਤਾਂ ਦਾ ਤੁਸੀਂ ਪਿਆਰ ਦਿੱਤਾ ਵੀਰ ਅਮਰਜੀਤ ਸਿੰਘ ਜੀ ਬੜੀ ਵੱਡੀ ਸੇਵਾ ਨਿਭਾ ਰਹੇ ਆ ਸਟਾਕਟਨ ਵਾਲੀਆਂ ਸੰਗਤਾਂ ਸਾਰਿਆਂ ਦਾ ਧੰਨਵਾਦ ਸ਼ਹੀਦਾਂ ਦੇ ਪਰਿਵਾਰਾਂ ਦਾ ਜਿਹੜੇ ਇੱਥੇ ਪਹੁੰਚੇ ਆ ਵਧਾ ਸਰਦਾਰ ਮਹਿਲ ਸਿੰਘ ਜੀ ਬੱਬਰ ਉਹ ਮੇਰੇ ਨਾਂ ਦਾ ਹੀ ਆ ਕਿਤੇ ਹੋਰ ਨਾ ਉਥੋਂ ਡਿਬਰੂਗੜ੍ਹ ਘੱਲਿਆ ਹੋਏ ਖਨੀ ਇਹੋ ਬੱਬਰ ਆ ਗਿਆ ਗੁਰੂ ਕਿਰਪਾ ਕਰੇ ਮੈਂ ਤਾਂ ਉਹਦੀ ਕੱਲ ਵੀਡੀਓ ਵੇਖੀ ਅਜੇ ਵੀ ਉਹਨੇ ਆਪਣਾ ਹੀ ਉੱਥੇ ਕਾਰਖਾਨਾ ਬਣਾਇਆ ਸੀ ਸ਼ਸਤਰ ਬਣਾਉਣ ਦਾ ਤੇ 600 ਕੁੱਪਾ ਉਹਨੇ ਗ੍ਰਨੇਟਾਂ ਦਾ ਤਿਆਰ ਕਰਨ ਵਾਸਤੇ ਉਹ ਤਿਆਰ ਕਰਕੇ ਲੈਂਦਾ ਸੀ ਜਿਹ 'ਚ ਬਰੂਦ ਭਰਨਾ ਸੀ 16-17 ਪਿਸਤੌਲ ਉਹਨੇ ਮਹਿਲ ਸਿੰਘ ਬੱਬਰ ਨੇ ਆਪ ਬਣਾਏ ਸੀ ਤੇ ਜਿਹੜੇ ਕਮਰੇ 'ਚ ਰਹਿੰਦਾ ਸੀ ਨਾ ਉਹਨੂੰ ਪੌੜੀ ਲੱਕੜ ਦੀ ਲਾਈ ਸੀ ਤੇ ਉਹ ਚੜ ਕੇ ਤੇ ਪੌੜੀ ਉੱਤੇ ਖਿੱਚ ਲੈਂਦਾ ਸੀ ਮੈਂ ਕਿਹਾ ਉਹਦੇ ਪੁੱਤਰ ਸੋਹਣ ਸਿੰਘ ਆ ਮੈਂ ਕਿਹਾ ਵੀਡੀਓ ਪਹਿਲੋਂ ਕੋਈ ਪਾਲੀ 40 ਸਾਲ ਲੰਘ ਗਿਆ ਆਂਦੇ ਉਹ ਇਹਨੇ ਚੜ੍ਹਾਈ ਪਿਛਲੇ ਸਾਲ ਕੀਤੀ ਅਜੇ ਇਸ ਕਰਕੇ ਉਹਦੀ ਪਛਾਣ ਨਹੀਂ ਸੀ ਦੇਣਾ ਚਾਹੁੰਦੇ ਇਹੋ ਜਿਹੇ ਸੂਰਮੇ ਮਰਦ ਪੈਦਾ ਹੋਏ ਆ ਬੋਲਦਿਆਂ ਕੋਲੋਂ ਬੇਅੰਤ ਭੁੱਲਾਂ ਦੀ ਮਾਫੀ ਸਮੂਹ ਸੰਗਤਾਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਜ ਪਿਆਰੇ ਸਾਹਿਬਾਨਾਂ ਦਾ ਫਤਿਹ ਗੱਜ ਕੇ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਮਹਿਲ ਸਿੰਘ ਜੀ ਔਰ ਇਹਨਾਂ ਦੇ ਸਮੁੱਚੇ ਜਥੇ ਦਾ ਜਿਨ੍ਹਾਂ ਨੇ ਬਹੁਤ ਹੀ ਜਸ਼ੀਲੀਆਂ ਵਾਰਾਂ ਜਿਹੜੀਆਂ ਆਪ ਜੀ ਨੂੰ ਸਰਵਣ ਕਰਾਈਆਂ ਹਨ ਮਜਬੂਰੀ ਹੈ ਕਿ ਟਾਈਮ ਦੀ ਪਾਬੰਦੀ ਨਹੀਂ ਤੇ ਇਹਨਾਂ ਦਾ ਜਥਾ ਜਿਹੜਾ ਉਹ ਬੰਦ ਕਰਨ ਨੂੰ ਦਿਲ ਹੀ ਨਹੀਂ ਕਰਦਾ ਜੀ ਕਰਦਾ ਕਿ ਹੋਰ ਸੁਣੀ ਜਾਈਏ ਗੁਰੂ ਪਿਆਰਿਓ ਬਹੁਤ ਵੱਡੇ ਭਾਗਾਂ ਵਾਲੇ ਆ ਜਿਹੜੇ ਆਪਾਂ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਸਨ ਫਰਾਂਸਿਸਕੋ ਦੀ ਇਸ ਧਰਤੀ 'ਤੇ ਸਿਵਿਕ ਸੈਂਟਰ ਦੇ ਜੋ ਪਲਾਜ਼ੇ ਦੇ ਵਿੱਚ ਅੱਜ ਇਕੱਤਰ ਹੋਏ ਆ ਇਹ ਯਾਦਗਾਰੀ ਇਕੱਠ ਜਿਹੜਾ ਹੈ ਗੁਰੂ ਪਿਆਰਿਓ ਇਹ ਹਮੇਸ਼ਾ ਵਾਸਤੇ ਜਿਹੜਾ ਹੈ ਇਹ ਦਰਜ ਰਹੇਗਾ ਸਨ ਫਰਾਂਸਿਸਕੋ ਔਰ ਸਿੱਖ ਪੰਥ ਦੇ ਜੋ ਇਤਿਹਾਸ ਦੇ ਵਿੱਚ ਇੱਕ ਦੋ ਜ਼ਰੂਰੀ ਬੇਨਤੀਆਂ ਹਨ ਇੱਕ ਤੇ ਸ਼ਹੀਦੀ ਰਿਮੈਂਬਰ ਜਿਹੜੀ ਗੈਲਰੀ ਲੱਗੀ ਹੋਈ ਹੈ ਔਰ 1984 ਦੇ ਕਿਸੇ ਤਰ੍ਹਾਂ ਦਾ ਵੀ ਲਿਟਰੇਚਰ ਬੁੱਕਾਂ ਜਿਹੜੀਆਂ ਹੈ ਉਹ ਰਾਈਟ ਸਾਈਡ 'ਤੇ ਲੱਗੀਆਂ ਹੋਈਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੀਆਂ ਪਿਕਚਰਾਂ ਜਿਹੜੀਆਂ ਉਹ ਗੈਲਰੀ ਦੇ ਵਿੱਚ ਲੱਗੀਆਂ ਹੋਈਆਂ ਹਨ ਆਪ ਜੀ ਨੂੰ ਬੇਨਤੀ ਹੈ ਭਾਈ ਉਹ ਵੀ ਜ਼ਰੂਰ ਆਪ ਜੀ ਨੇ ਦੇਖਣ ਜੇ ਉਹ ਜਾਣ ਦੀ ਕਿਰਪਾਲਤਾ ਕਰਨੀ ਔਰ ਬੁੱਕ ਵੀ ਜਿਹੜੀ ਹੈ ਉਹ ਲੈ ਕੇ ਜਾਣੀ ਆ ਜ਼ਰੂਰ ਆਪ ਜੀ ਨੇ 1984 ਦੇ ਘੱਲੂ ਘਾਰੇ ਔਰ ਉਸ ਸਮੁੱਚੇ ਸੰਘਰਸ਼ ਨੂੰ ਸਮਰਪਿਤ ਗੁਰੂ ਪਿਆਰਿਓ ਅੱਜ ਆਪਣੇ ਪਾਸ ਪੰਥ ਦਾ ਇੱਕ ਬਹੁਤ ਹੀ ਮਹਾਨ ਬੱਚਾ ਜਿਹੜਾ ਆਪਣੇ ਵਿੱਚ ਅੱਜ ਆ ਰਿਹਾ ਹੈ ਬਹੁਤ ਵੱਡੀ ਕੁਰਬਾਨੀ ਹੈ ਉਸ ਪਰਿਵਾਰ ਦੀ ਭਾਵੇਂ ਜਿੰਨੇ ਆਪ ਇੱਥੇ ਬੈਠੇ ਹੋ ਥੋੜ੍ਹਾ ਬਹੁਤਾ ਜਿਹੜਾ ਸੇਕ ਹੈ ਹਰ ਇੱਕ ਨੂੰ ਜਿਹੜਾ ਉਸ ਸੰਘਰਸ਼ ਦੇ ਵਿੱਚ ਲੱਗਾ ਹੈ ਪਰ ਫਿਰ ਵੀ ਉਸ ਪਰਿਵਾਰ ਦਾ ਉਸ ਬੱਚੇ ਦਾ ਉਸ ਖੂਨ ਦਾ ਜਿਹੜਾ ਕੌਮ ਨੂੰ ਦੇਣ ਹੈ ਉਹਨਾਂ ਦੀ ਉਹ ਇੱਕ ਵਿਲੱਖਣ ਹੈ ਆਪਾਂ ਸਾਰਿਆਂ ਨੇ ਉਸ ਬੱਚੇ ਦੇ ਜਿਹੜੇ ਵਿਚਾਰ ਹੈ ਇੱਥੇ ਚੜ੍ਹਦੀ ਕਲਾ ਦੇ ਨਾਲ ਸੁਣਦੇ ਹਾਂ ਸਾਰੇ ਜਿਹੜੇ ਬੁਲਾਰੇ ਹੈ ਬਹੁਤ ਸਤਿਕਾਰਯੋਗ ਹੈ ਕੋਈ 8-9 ਬੁਲਾਰੇ ਜਿਹੜੇ ਆਪਣੇ ਪਾਸ ਹਨ ਸਭ ਤੋਂ ਪਹਿਲਾਂ ਮੈਂ ਹੁਣ ਬੇਨਤੀ ਕਰਾਂਗਾ ਸਾਡੀ ਬੱਚੀ ਸਿਮਰਨਜੀਤ ਕੌਰ ਹੋਥੀ ਜੋ ਨਿਊ ਜਨਰੇਸ਼ਨ ਵਿੱਚ ਬੱਚੀ ਜਿਹੜੀ ਹੈ ਖਾਲਿਸਤਾਨ ਦੇ ਸੰਘਰਸ਼ ਪ੍ਰਤੀ ਬੜੀ ਸਮਰਪਿਤ ਔਰ ਜਿਸ ਨੇ ਰਿਲੀਜੀਅਸ ਸਟੱਡੀ ਜਿਹੜੀ ਕੀਤੀ ਹੋਈ ਹੈ ਉਸ ਬੱਚੀ ਨੇ ਬਹੁਤ ਮੋਟੀਵੇਸ਼ਨ ਕਰਕੇ ਆਪਣੇ ਸਟੂਡੈਂਟ ਜੋ ਇੱਥੇ ਦੇ ਬੱਚੇ ਜਿਹੜੇ ਜੰਪਲ ਹੈ
ਉਹਨਾਂ ਦੇ ਵਿੱਚ ਜਿਹੜੀ ਹੈ ਜਾਗਰਤੀ ਦੀ ਰੂਹ ਫੂਕੀ ਹੈ। ਉਸ ਬੱਚੀ ਦੀ ਬਹੁਤ ਦੇਣ ਹੈ। ਸਭ ਤੋਂ ਪਹਿਲਾਂ 5 ਮਿੰਟ ਵਾਸਤੇ ਉਸ ਨੂੰ ਬੇਨਤੀ ਕਰਾਂਗਾ। ਉਸ ਤੋਂ ਉਪਰੰਤ ਜਿਹੜਾ ਹੈ 1-2 ਬੁਲਾਰੇ ਹੋਰ ਹਨ, ਫਿਰ ਆਪਾਂ ਜਿਹੜੇ ਜਕਾਰਿਆਂ ਦੀ ਗੂੰਜ ਵਿੱਚ ਉਸ ਬੱਚੇ ਨੂੰ ਇੱਥੇ ਸਟੇਜ ਉੱਤੇ ਲੈ ਕੇ ਆਵਾਂਗੇ। ਆਓ ਸਾਰਿਆਂ ਤੋਂ ਪਹਿਲਾਂ ਬੱਚੀ ਸਿਮਰਨਜੀਤ ਕੌਰ ਹੋਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮੈਨੂੰ ਆਖਿਆ ਗਿਆ ਹੈ ਨੌਜਵਾਨੀ ਨਾਲ 5ਵੇਂ ਪਾਤਸ਼ਾਹ ਦੀ ਸ਼ਹਾਦਤ ਤੇ 84 ਦੀ ਨਕਲਕੁਸ਼ੀ ਬਾਰੇ ਵਿਚਾਰ ਸਾਂਝੇ ਕਰਨ ਲਈ। ਇਸ ਦੇ ਨਾਲ ਖੁਦਮੁਖਤਿਆਰੀ ਦੀ ਅੰਦੋਲਨ 'ਚ ਨੌਜਵਾਨੀ ਦੀ ਭੂਮਿਕਾ ਤੇ ਜ਼ਿੰਮੇਵਾਰੀਆਂ ਬਾਰੇ ਵਿਚਾਰ ਅੰਗਰੇਜ਼ੀ ਵਿੱਚ ਕਰਾਂਗੇ। ਉਹਦੇ ਲਈ ਖਿਮਾ ਦੀ ਜਾਚਕ ਹਾਂ। More than 400 years ago, Jahangir thought that he could extinguish the light of Sikhi. So he arrested Guru Arjan Dev Ji. He sat him on a burning hot plate and poured red hot sand over his body. They believed by inflicting the ultimate pain, they would break the spirit of the Sikhs. But as his flesh burned, Guru Sahib sat in perfect peace, uttering the words, Tera kiya mitha lage. Sweet, sweet is your will, Vaheguru. Guru Sahib's martyrdom taught the Panth that spiritual purity alone cannot survive in a world ruled by tyrants. When Guru Har Gobind Ji became the 6th Guru, he did something revolutionary. Wearing 2 swords, Miri, representing spiritual sovereignty, and Bidi, temporal sovereignty, he transformed Sikhs into a community of Sant Sipahi, saint soldiers, who could wield spiritual devotion to defend justice in the worldly realm. Guru Har Gobind Patsha showed us that if you only focus on bhakti and cannot defend yourself, the tyrant will crush you. If you only have power but have no spirituality, you become the tyrant. The Sant Sipahi walks the middle path, blending devotion with sovereignty and spirituality with responsibility. The historical lineage that connects Guru Arjan Dev Ji, Patsha, to Sant Bhimrao Wale Ji, to our Shaheeds, are all defined by one single truth: the refusal to submit to tyranny. The empires of the past have been replaced by a modern regime, but the structural violence, the forced assimilation of Sikhs, the tyranny against the Panth has never stopped. In June 1984, the Indian state did not connect a surgical military operation. They engineered a slaughterhouse. They trapped thousands of families by imposing curfew. They cut off lifelines in Darbar Sahib. They blew up water tanks in suffocating June heat. They shot women and children who crawled toward the Sarovar out of thirst. They tied the hands of our youth behind their back and shot them, executed them in cold blood. Before loading these bodies into trucks for mass cremations. When a state treats your women, your children, your babies with such calculated cruelty, it is forced to forfeit any claim to legitimacy. This is our resistance, is not just a response to a single event of 1984, of the attack by the Indian Army. It is a rejection of a system that has never repented its crimes against humanity. The Indian government's genocidal intent did not vanish with the smoke of the 1980s.
It was woven into the smoke, into the fabric of the Indian nation state, transforming from mass massacres into an organized, calculated war of attrition. Today, we must recognize all of oppression, all of the modern forms of oppression across Punjab. The state routinely jails journalists, blocks news and digital media, and criminalizes even the utterance of Khalistan. Extrajudicial assassinations are carried out now on our doorstep in the US, in Canada, across the world. Shaheed Avtar Singh Khadda, Shaheed Paramjit Singh Panjwar, Shaheed Hardeep Singh Nijjar gave their lives pursuing the dreams of a Sikh homeland. To this day, Punjab's water is systematically diverted to neighboring desert Indian states, violating international riparian law. Delhi actively corrupts Sikh history from textbooks while deliberately weaponizing a drug epidemic to paralyze the political will and consciousness of our youth. The state operates a corrupt dual legal system that holds our Bandi Singh hostage decades past their legal sentences have been served, while weaponizing draconian laws without due process. 42 years after the genocide and enforced disappearances, the Indian state still protects its mass murderers and rewards security forces for slaughtering Sikhs. Economically, Delhi intentionally isolates Punjab by starving it of industrial infrastructure and blocking our natural trade routes to Central Asia, forcing Punjab into complete artificial dependency. The state treats Punjab like an occupied territory, periodically cutting off mobile internet for tens of millions of citizens to blindfold the international community from witnessing their violence. To this day, the central government infiltrates internal election machinery of SGPC to control our most sacred religious institutions and castrate the Panth's independent decision-making authority. The Indian state has deliberately engineered economic neglect to force a mass exodus of our youth to exile and simultaneously dilute the Sikh electoral and political power in their only home state in Punjab. So many ask, why can't we simply work with India within the existing federal structure to invoke greater autonomy for Sikhs? When a state weaponizes its courts to jail our political prisoners indefinitely, when it destroys our economy to force our youth into exile, and when it sends assassins across oceans to silence our voices, it is no longer a government. It is an occupying force. And that is why the solution can never be to adapt to India, but instead to build our own sovereign future. So what does it mean in this day and age? What does it mean to be Sant Sipahi? When confronted with these vast and powerful mechanisms of control, the sword of Miri has taken a new shape. Now your sword is your voice. Now your sword is your education. Now it is your pen, your camera, your art, your writing, your political engagement, whatever you can manage to offer the Panth. Pick your battlefield and master it. A victorious resistance requires an ecosystem of highly skilled professionals using their expertise toward a common goal. So when our community faces assassination threats, our response must move past immediate outrage. We must engage our lawmakers, lobby our governments, and demand that Western nations hold authoritarian states accountable. Fund Shaheed Parivars for those Shaheed families who have sacrificed their all so that the Panth could flourish. We must take direct responsibility of their well-being. We must finance their welfare, their education, their healthcare, their ongoing legal battles. We need to align our struggle with other oppressed communities so that international human rights bodies can build a unified global front for self-determination, and ultimately we can move towards the realization of Sarbat da Bhala. We must also weaponize our education, which means we must master our history and philosophy to critically confront and dismantle state-sponsored narratives in our universities and our workplaces.
As voting citizens, leverage your power in the diaspora to pressure your representatives, demanding immediate policy consequences for foreign transnational repression. And as a community, we must strive towards economic independence to fund and support those organizations and individuals on the front lines. Most importantly, we must mobilize our women and girls. Place Sikh women and girls at the absolute forefront of our political organizing, because this liberation movement will not succeed without the lifeblood of Mai Bhago's legacy leading the charge. Sad Sangat ji, in conclusion, we are the descendants of a history that has survived empires, forced assimilation, and systemic violence. We do not plead for justice from the perpetrators of genocide. We assert our inherent right to self-determination granted by the Chheme Paatshah. Commit yourselves to institutional literacy, vote, write, advocate, build the infrastructure for human rights. Bring the synthesis of Miri and Piri into your universities, your courtrooms, your halls of political power. The struggle for justice is a multi-generational struggle. Let us step forward with absolute clarity, complete unity, and in unshakable Chardhi Kala. Vaheguru Ji Ka Khalsa, Vaheguru Ji Ki Fateh. ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਡੀ ਬੱਚੀ ਸਿਮਰਨਜੀਤ ਕੌਰ ਹੋਥੀ, ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਥੋੜ੍ਹੇ ਸਮੇਂ ਦੇ ਵਿੱਚ ਆਪਣੇ ਵਿਚਾਰ ਜਿਹੜੇ ਸੰਗਤਾਂ ਦੇ ਪੇਸ਼ ਕੀਤੇ ਹਨ। ਗੁਰੂ ਪਿਆਰਿਓ, ਹੁਣ ਮੈਂ ਜੋ ਪਹਿਲਾਂ ਆਪ ਜੀ ਨੂੰ ਦੱਸ ਕੇ ਹਟਿਆ ਹਾਂ ਕਿ ਸਾਡੀ ਕੌਮ ਦਾ ਜਿਹੜਾ ਸਰਮਾਇਆ ਹੈ, ਇੱਕ ਮਾਝੇ ਦਾ ਪਿੰਡ ਹੈ ਪੰਜਵੜ, ਉਸ ਧਰਤੀ ਨੂੰ ਨਮਸਕਾਰ ਹੈ। ਉਸ ਧਰਤੀ ਨੇ ਪਿਛਲੇ ਸੰਘਰਸ਼ ਦੇ ਵਿੱਚ ਬਹੁਤ ਆਪਣਾ ਖੂਨ ਜਿਹੜਾ ਹੈ ਇਸ ਸੰਘਰਸ਼ ਨੂੰ ਦਿੱਤਾ। ਉਸ ਨਗਰ ਦੇ ਵਿੱਚੋਂ ਇੱਕ ਮਹਾਨ ਜਿਹੜਾ ਯੋਧਾ, ਸਾਰੇ ਹੀ ਮਹਾਨ ਸੀ, ਪਰ ਇੱਕ ਮਹਾਨ ਯੋਧਾ ਜਿਹਦੀ ਬਹੁਤ ਵੱਡੀ ਕੁਰਬਾਨੀ, ਉਸ ਯੋਧੇ ਨੇ ਜਿਹੜੀ ਹਿੰਦੁਸਤਾਨ ਦੀ ਜਾਬਰ ਸਰਕਾਰ, ਉਹਦੇ ਕਿੰਗਰੇ ਤੱਕ ਖੜਕਾ ਦਿੱਤੇ। ਗੁਰੂ ਪਿਆਰਿਓ, ਮੈਨੂੰ ਚੇਤਾ ਸੀ 1988 ਤੋਂ 91 ਤੱਕ ਜਲੰਧਰ ਦੀ ਜੇਲ੍ਹ ਵਿੱਚ ਰਹੇ ਹਾਂ। ਜਦੋਂ ਬਖਸ਼ੀਖਾਨੇ ਜਾਂਦੇ ਹੁੰਦੇ ਸੀ, ਬੰਦ ਕਰ ਦਿੰਦੇ ਸੀ ਬਖਸ਼ੀਖਾਨੇ ਲਿਜਾ ਕੇ, ਉਸ ਤੋਂ ਬਾਅਦ ਕੋਰਟ ਵਿੱਚ ਜਿਹੜੀ ਡੇਟ ਪੈਂਦੀ ਸੀ, ਅਤੇ ਬਖਸ਼ੀਖਾਨੇ ਦੇ ਮੂਹਰੇ ਇੱਕ ਹਿੰਦੂ ਮੁਨਸ਼ੀ ਬੈਠਾ ਸੀ ਕਿਸੇ ਵਕੀਲ ਦਾ। ਉਹ ਦੱਸਦਾ ਹੁੰਦਾ ਸੀ ਕਿ ਇਹਨਾਂ ਯੋਧਿਆਂ ਨੂੰ ਭਾਈ ਮਨਵੀਰ ਸਿੰਘ ਚਹੇੜੂ ਇੱਥੋਂ ਸਾਹਮਣੋਂ 7 ਪੁਲਿਸ ਵਾਲਿਆਂ ਨੂੰ ਸ਼ਹੀਦ ਕਰਕੇ ਕਿਵੇਂ ਛੁਡਾ ਕੇ ਲਗਾਏ ਲੰਡੀ ਜੀਪ ਦੇ ਵਿੱਚ ਦੁਪਹਿਰ ਦੇ 2 ਵਜੇ। ਉਸ ਮਹਾਨ ਯੋਧੇ ਨੇ ਜਿਹੜਾ ਖਾੜਕੂ ਸੰਘਰਸ਼ ਦੀ ਜਿਹੜੀ ਮੁੱਢਲੀ ਜਿਹੜੀ ਜੜ ਹੈ, ਉਹ ਉਸ ਯੋਧੇ ਨੇ ਜਿਹੜੀ ਹੈ ਲਾਈ। 1984 ਤੋਂ ਪਹਿਲਾਂ ਉਸ ਵੱਲੋਂ ਕਈ ਦੁਸ਼ਟਾਂ ਨੂੰ ਸੋਧਾ ਲਾਇਆ ਗਿਆ, ਜਿਨ੍ਹਾਂ ਵਿੱਚ DIG ਅਟਵਾਲ, ਹਰਵੰਸ ਲਾਲ ਖੰਨਾ, ਲਾਲਾ ਜਗਤ ਨਾਰਾਇਣ ਦਾ ਪੁੱਤਰ ਜਿਹੜਾ ਰਮੇਸ਼ ਲਾਲ, ਔਰ ਜੋ ਭਾਈ ਮੁਸੀਬਤ ਸਿੰਘ ਨੂੰ ਸ਼ਹੀਦ ਕਰਨ ਵਾਲਾ ਕਾਤਲ ਗੁਰਬਚਨਾ DSP ਜਿਹੜਾ ਸੀ, ਉਹਨੂੰ ਪਹਿਲਾਂ ਉਹਨੇ ਸ਼ਹੀਦ ਕਰ ਦਿੱਤਾ। ਮੇਰੀ ਮੁਰਾਦ ਹੈ ਪੰਥ ਦਾ ਮਹਾਨ ਜਰਨਲ ਲਾਭ ਸਿੰਘ ਜੀ। ਸਤਿ ਸ੍ਰੀ ਅਕਾਲ। ਉਸ ਯੋਧੇ ਨੇ ਗੁਰੂ ਪਿਆਰਿਓ ਇੱਕ ਵੀ ਗੋਲੀ ਚਲਾਉਣ ਤੋਂ ਬਿਨਾਂ ਲੁਧਿਆਣੇ ਦੀ ਧਰਤੀ ਤੇ ਦੁਨੀਆ ਦਾ ਕੀ ਪੂਰੇ ਵਰਲਡ ਦਾ ਜਿਹੜਾ ਹੈ ਸਭ ਤੋਂ ਵੱਡਾ ਜਿਹੜਾ ਡਾਕਾ ਸੀ, 5 ਕਰੋੜ 70 ਲੱਖ ਦਾ ਡਾਕਾ, ਜਿਹੜਾ ਉਹ ਬੜੀ ਸਕੀਮ ਦੇ ਨਾਲ, ਬੜੀ ਤਰਤੀਬ ਦੇ ਨਾਲ ਉਸ ਯੋਧੇ ਨੇ ਉਸ ਕਾਰਵਾਈ ਨੂੰ, ਉਸ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਮਹਾਨ ਯੋਧੇ ਦਾ ਸਪੂਤ ਅੱਜ ਆਪਣੇ ਵਿੱਚ ਇੱਥੇ ਅਮਰੀਕਾ ਦੀ ਧਰਤੀ ਤੇ ਸਨ ਫਰਾਂਸਿਸਕੋ ਵਿਖੇ ਕਾਕਾ ਰਾਜੇਸ਼ਵਰ ਸਿੰਘ ਜਿਹੜਾ ਉਹ ਪਹੁੰਚਿਆ ਆ। ਗੁਰੂ ਪਿਆਰਿਓ, ਇਸ ਪਰਿਵਾਰ ਦੇ ਲਈ ਇੱਕ ਜਿਹੜਾ ਸਾਡੇ
ਪਾਸ ਜਿਹੜਾ ਹੈ, ਸਾਡੇ ਪਾਸ ਸਮਾਂ ਨਹੀਂ, ਸਾਡਾ ਵੀਰ ਉਹ ਆ ਰਿਹਾ। ਸਾਰਿਆਂ ਤੋਂ ਪਹਿਲਾਂ ਜਕਾਰੇ ਜਿਹੜੇ ਗਜਾਓ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ। ਜਰਨੈਲ ਲਾਭ ਸਿੰਘ, ਜਰਨਲ ਲਾਭ ਸਿੰਘ, ਬੋਲੇ ਸੋ ਨਿਹਾਲ। ਪੈਰਾਂ ਦਿਆਂਗੇ ਠੋਕ, ਭਾਈ ਧੰਨਾ ਸਿੰਘ ਉਹਨਾਂ ਨੂੰ ਬੇਨਤੀ ਆ ਵੀ ਸਟੇਜ ਤੇ ਆ ਜਾਣ। ਭਾਈ ਨਰਿੰਦਰ ਸਿੰਘ ਥਾਂਦੀ ਉਹਨਾਂ ਨੂੰ ਵੀ ਬੇਨਤੀ ਆ ਸਟੇਜ ਤੇ ਆ ਜਾਣ। ਗੁਰੂ ਪਿਆਰਿਓ, ਬਾਕੀ ਇਸ ਪਰਿਵਾਰ ਦੇ ਲਈ, ਇਸ ਯੋਧੇ ਦੇ ਲਈ, ਇਹਨਾਂ ਦੇ ਜੋ ਖੂਨ ਹੈ ਜਿਹੜਾ ਇਹਨਾਂ ਦਾ, ਇਹਨਾਂ ਦੇ ਲਈ ਗੱਲ ਵੀ ਕਰਨੀ ਜਿਹੜੀ ਹੈ ਉਹ ਬਹੁਤ ਔਖੀ ਹੈ, ਕਿਉਂਕਿ ਗੱਲਾਂ ਕਰਨੀਆਂ ਬਹੁਤ ਸਿਖਾਲੀਆਂ। ਜਦੋਂ ਜਿਹੜੀ ਕੌਮ 'ਤੇ ਵਿਪਤਾ ਪੈਂਦੀ ਹੈ, ਇੱਦਾਂ ਦੇ ਯੋਧੇ ਜਦੋਂ ਇਹਨਾਂ ਨੇ ਜਿਹੜੀ ਕੁਰਬਾਨੀ ਕੀਤੀ, ਐਡੀ ਵੱਡੀ ਕੁਰਬਾਨੀ ਇਸ ਮਹਾਨ ਯੋਧੇ ਦੀ, ਮੈਂ ਤੁਹਾਨੂੰ ਦੱਸਿਆ ਅਸੀਂ ਉਹ ਯਾਦ ਕਰਦੇ ਹੁੰਦੇ ਸੀ ਜਦੋਂ ਦੇਖਣਾ ਕਿ ਇੱਥੋਂ ਦੀ ਜੀਪ ਜਿਹੜੀ ਉਹ ਗਈ। ਸਾਡੇ ਨਾਲ 95 ਸਾਲ ਦਾ ਬਾਪੂ ਸੀ, ਬਾਪੂ ਆਸਾ ਸਿੰਘ, ਜਲੰਧਰ ਜੇਲ੍ਹ ਦੇ ਵਿੱਚ, ਜਿਨ੍ਹਾਂ ਦੇ ਖੂਹ 'ਤੇ ਲਿਜਾ ਕੇ ਹੱਥਕੜੀਆਂ ਜਿਹੜੀਆਂ ਵੱਡੀਆਂ ਸੀ, ਉਦੋਂ ਗਰੈਂਡਰ ਨਾ ਸੀ ਹੁੰਦੇ, ਲਾਹੌਰ ਨੂੰ ਸੱਦ ਕੇ, ਪਿੰਡ ਦੇ ਲਾਹੌਰ ਨੂੰ ਸੱਦ ਕੇ ਖੂਹ 'ਤੇ ਉਹਨਾਂ ਦੇ ਹੱਥਕੜੀਆਂ ਜਿਹੜੀਆਂ ਛੈਣੀਆਂ ਦੇ ਨਾਲ, ਥੋੜਿਆਂ ਦੇ ਨਾਲ ਕੱਟੀਆਂ ਸੀ। ਅਤੇ ਉਹ ਬਾਪੂ ਆਸਾ ਸਿੰਘ ਸਾਡੇ ਨਾਲ ਹੁੰਦਾ ਸੀ। ਇੱਕ ਵੱਡਾ ਡੱਬਾ ਪਲਸਕਟ ਦਾ ਲਿਆ ਉਹਨਾਂ ਨੇ। ਪਲਸਕਟ ਦੇ ਡੱਬੇ ਦੇ ਵਿੱਚ ਉਹ ਸੰਗਲ ਸਮੇਂ ਸਣੇ ਹੱਥਕੜੀਆਂ ਆਪਣੇ ਖੇਤਾਂ ਵਿੱਚ ਦੱਬ ਦਿੱਤੀਆਂ। ਜਦੋਂ ਕਿਸੇ ਗਦਾਰ ਨੇ, ਕਿਸੇ ਟੋਟ ਨੇ ਉਹ ਬਾਪੂ ਦਾ ਨਾਂ ਲੈ ਦਿੱਤਾ, ਬਾਪੂ ਕੋਲੋਂ ਜਿਹੜੇ ਉਹ ਤਸੀਹੇ ਪੁਲਿਸ ਦੇ ਝੱਲੇ ਨਹੀਂ ਗਏ, ਅਤੇ ਬਾਪੂ ਨੇ ਉਹ ਦੱਸ ਦਿੱਤਾ ਕਿ ਉੱਥੇ ਫਲਾਣੇ ਸਾਹਿਬ ਜਿਹੜਾ ਉਹ ਦੱਬਿਆ ਹੈ ਸਮਾਨ, ਉਹ ਕੱਢ ਲਿਆ ਸੀ। ਗੁਰੂ ਪਿਆਰੇ, ਉਸ ਮਹਾਨ ਯੋਧੇ ਦੇ ਨਾਲ ਵੀ ਅਸੀਂ ਰਹੇ ਹਾਂ। ਬਾਕਿਆ ਹੀ ਜਰਨਲ ਲਾਭ ਸਿੰਘ, ਇਹਨਾਂ ਦੇ ਸਮੁੱਚੇ ਜਿਹੜੇ ਪਰਿਵਾਰ ਦੇ ਅੱਗੇ ਸਿਰ ਝੁਕਦਾ ਹੈ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਹੁਣ ਉਹਨਾਂ ਨੂੰ ਬੇਨਤੀ ਕਰਾਂਗਾ, ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਰਜੇਸ਼ਵਰ ਸਿੰਘ ਜੋ ਆਪਣੇ ਵਿਚਾਰ ਹੈ ਸੰਗਤਾਂ ਦੇ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੂਰੀ ਦੁਨੀਆ ਵਿੱਚ ਸਿੱਖ ਕੌਮ ਘੱਲੂਘਾਰਾ ਮਨਾ ਰਹੀ ਹੈ, ਸ਼ਹੀਦ ਸਿੰਘ ਹੋਏ ਸਿੰਘਾਂ ਸਿੰਘਣਾਂ ਨੂੰ ਯਾਦ ਕਰ ਰਹੀ ਹੈ। ਜਿੱਥੇ ਅਸੀਂ ਇਹ ਦਿਨ ਪੂਰੀ ਚੜ੍ਹਦੀ ਕਲਾ 'ਚ ਮਨਾ ਰਹੇ ਹਾਂ, ਉੱਥੇ ਹੀ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦਾ ਵੀ ਪੂਰਾ ਜ਼ੋਰ ਲੱਗਾ ਹੋਇਆ ਵੀ ਸਿੱਖ ਕੌਮ ਇਹ ਦਿਨ ਭੁੱਲ ਜਾਣ। ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ, ਸਿੱਖ ਨਾ ਭੁੱਲੀ ਆ, ਨਾ ਭੁੱਲਾਂਗੇ, ਅਤੇ ਕਈਆਂ ਨੂੰ ਸਜ਼ਾ ਦੇ ਚੁੱਕੇ ਹਾਂ। ਜਦੋਂ ਵੱਡਾ ਘੱਲੂਘਾਰਾ ਹੋਇਆ ਸੀ ਉਦੋਂ ਵੀ ਬਹੁਤ ਜ਼ਿਆਦਾ ਸਿੰਘ ਸਿੰਘਣੀਆਂ ਸ਼ਹੀਦ ਹੋਏ। ਸਿੰਘ ਜੰਗਲਾਂ 'ਚ ਚੱਲ ਗਿਆ ਅਤੇ ਮੁਗਲਾਂ ਨੂੰ ਵੀ ਇਹ ਭੁਲੇਖਾ ਸੀ ਥੋੜ੍ਹੇ ਰਹਿ ਗਏ ਆ, ਹਾਰ ਮੰਨ ਜਾਣਗੇ, ਸਰੈਂਡਰ ਕਰ ਦੇਣਗੇ। ਸਿੰਘਾਂ ਨੇ ਦੱਸਤਾ ਹੀ ਹੁਣ ਤੁਹਾਨੂੰ ਜੰਗ ਦੇ ਮੈਦਾਨ 'ਚ ਮਿਲਾਂਗੇ। ਲਗਭਗ 1.5 ਮਹੀਨੇ ਬਾਅਦ ਕੌਮ ਇਕੱਠੀ ਹੋਈ, ਸਿੰਘ ਜੰਗ ਦੇ ਮੈਦਾਨ 'ਚ ਗਿਆ, ਜੰਗ ਫਤਿਹ ਕੀਤੀ ਅਤੇ ਦੱਸ ਦਿੱਤਾ ਵੀ ਖਾਲਸਾ ਬਾਗੀ ਆ ਜਾਂ ਬਾਦਸ਼ਾਹ। ਜੂਨ 84 ਨੂੰ ਸਾਡੇ ਪਰਿਵਾਰ ਦੇ ਕੁਝ ਕੁ ਮੈਂਬਰ ਸ਼੍ਰੀ ਦਰਬਾਰ ਸਾਹਿਬ ਗਏ ਹੋਏ ਸੀ। ਸਾਡੇ ਪਿਤਾ ਜੀ ਪਹਿਲਾਂ ਹੀ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ 1982 ਦੇ ਐਂਡ 'ਚ ਹਥਿਆਰ ਲੈ ਕੇ ਸੰਤ ਜਰਨੈਲ ਸਿੰਘ ਕੋਲ ਜਾ ਚੁੱਕੇ ਸੀ, ਕਿਉਂਕਿ 1978 ਦੇ ਕਾਂਡ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਵੀ ਸਿੱਖਾਂ ਲਈ ਇੱਥੇ ਕੋਈ ਕਾਨੂੰਨ ਆਉਣ ਦੀ ਇਜਾਜ਼ਤ ਨਹੀਂ ਹੈਗੀ। ਅਤੇ ਉਹਨਾਂ ਨੇ ਦੱਸ ਦਿੱਤਾ ਕਿ ਹੁਣ ਸੰਤਾਂ ਤੋਂ ਬਿਨਾਂ ਕੋਈ ਨਹੀਂ ਹੈਗਾ। ਜਿੱਦਾਂ ਹੀ ਦਰਬਾਰ ਸਾਹਿਬ ਫੌਜ ਆਉਣੀ ਸ਼ੁਰੂ ਹੋਈ, ਸੰਤ ਜਰਨੈਲ ਸਿੰਘ ਦੇ ਸਾਥੀਆਂ ਨੇ ਮੋਰਚੇ ਬਣਾਉਣੇ ਸ਼ੁਰੂ ਕਰ ਦਿੱਤੇ ਸੀ। ਜਰਨਲ ਸ਼ਬੀਕ ਸਿੰਘ ਦੀ ਅਗਵਾਈ ਦੇ ਵਿੱਚ ਸਿੰਘ ਪੂਰੇ ਪ੍ਰਪੇਅਰ ਹੋ ਚੁੱਕੇ ਸੀਗੇ। ਇਹ ਕਲੀਅਰ ਹੋ ਚੁੱਕਾ ਸੀਗਾ ਵੀ ਇੱਥੇ ਅਟੈਕ ਹੋਣਾ ਹੀ ਹੋਣਾ। ਜਿੱਦਾਂ ਹੀ ਫੌਜ ਆਉਣੀ ਸ਼ੁਰੂ ਹੋਈ, ਸਿੰਘਾਂ ਨੇ ਮੋਰਚੇ ਬਣਾਏ, ਅਤੇ ਜੋ ਸਿੱਖ ਸੰਤ ਵੀ ਕਹਿੰਦੇ ਹੁੰਦੇ ਸੀ ਇੱਕ ਵਾਰੀ ਆ ਲੈਣ ਦਿਓ, ਦੇਖੋ ਇਹਨਾਂ ਦੇ ਢੇਰ ਕਿੱਦਾਂ ਲਾਉਂਦੇ।
ਤੇ ਜਿੱਦਾਂ ਹੀ ਸ਼੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ, ਜਿਹੜੇ ਪਲੈਨਿੰਗ ਬਣਾ ਕੇ ਆਇਆ ਸੀ ਜੀ 2 ਘੰਟਿਆਂ 'ਚ ਸੰਤਾਂ ਨੂੰ ਲੈ ਜਾਾਂਗੇ, ਆਹ ਕਰ ਦਾਂਗੇ, ਉਹ ਨਹੀਂ ਹੋਣ ਦਿੱਤਾ। ਯੋਧਿਆਂ ਨੇ 6 ਦਿਨ ਤੱਕ ਮੁਕਾਬਲਾ ਕੀਤਾ, ਸ਼ਹੀਦੀਆਂ ਪਾਈਆਂ, ਸਿੱਖੀ ਦੀਆਂ ਆਸ਼ਾਂ ਨੂੰ ਕਾਇਮ ਰੱਖਿਆ ਤੇ ਦੱਸ ਦਿੱਤਾ ਵੀ ਖਾਲਸਾ ਲੜ ਸਕਦਾ ਜਾਂ ਖਾਲਸਾ ਆਜ਼ਾਦ ਹੋ ਸਕਦਾ। 1984 ਤੋਂ ਦਰਬਾਰ ਸਾਹਿਬ ਦੇ ਅਟੈਕ ਹੋਣ ਤੋਂ ਬਾਅਦ ਸਿੰਘਾਂ ਨੇ ਜਲਦੀ ਹੀ ਭਾਜੀ ਮੋੜੀ। ਮੁੱਖ ਇੰਦਰਾ ਗਾਂਧੀ ਤੇ ਜਨਰਲ ਵੈਦਿਆ ਨੂੰ ਸਜ਼ਾ ਦਿੱਤੀ। ਇਹ ਸਜ਼ਾ ਬਦਲਾ ਨਹੀਂ ਸੀਗਾ, ਇਹ ਇੱਕ ਅਨਿਆਏ ਸੀਗਾ, ਜਸਟਿਸ ਸੀਗਾ। ਬਦਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਨਹੀਂ ਆਉਂਦਾ। ਸੰਤਾਂ ਨੇ, ਗੁਰੂ ਸਾਹਿਬ ਨੇ ਅਨਿਆਏ ਦੀ ਗੱਲ ਕੀਤੀ ਹੈ, ਇਹ ਅਨਿਆਏ ਸੀਗਾ। ਤੇ ਕੌਣ ਹੈ ਲੋਕ ਜਿਹੜੇ ਸਾਨੂੰ ਅੱਜ ਖਤਮ ਕਰਨਾ ਚਾਹੁੰਦੇ ਆ ਸਾਡੇ ਧਰਮ ਨੂੰ? ਇਹ ਉਹੀ ਆ ਜਿਹੜੇ ਉਦੋਂ ਗੁਰੂ ਸਾਹਿਬਾਂ ਨੂੰ ਇਹ ਕਹਿ ਕੇ ਭੱਜ ਗਿਆ ਸੀ, ਪਾਤਸ਼ਾਹ ਕਾਮ ਹਮਾਰਾ ਤੋਲੂ ਤੱਕੜੀ, ਨੰਗੀ ਕਰਦ ਕਭੀ ਨਾ ਪਕੜੀ, ਚਿੜੀ ਉੱਡੇ ਤੋਂ ਮੈਂ ਡਰ ਜਾਊਂ, ਮੁਗਲੋਂ ਸੇ ਕੈਸੇ ਲੜ ਪਾਊਂ। ਇਹ ਉਹੀ ਆ ਜਿਹੜੇ ਅੱਜ ਧਰਮ ਨੂੰ ਖਤਮ ਕਰਨਾ ਚਾਹੁੰਦੇ ਆ, ਜਿਨ੍ਹਾਂ ਦਾ ਆਪਣਾ ਕੋਈ ਧਰਮ ਨਹੀਂ, ਆਪਣੇ ਧਰਮ ਦੀ ਕੋਈ ਡੈਫੀਨੇਸ਼ਨ ਨਹੀਂ। ਡਾਕਟਰ ਅਮਰਜੀਤ ਸਿੰਘ ਕਹਿੰਦੇ ਹੁੰਦੇ ਆ, ਇਹ ਮੁਗਲਾਂ ਤੋਂ ਵੱਧ ਜ਼ਾਲਮ ਤੇ ਗੋਰਿਆਂ ਤੋਂ ਵੱਧ ਚਲਾਕ ਆ। ਅੱਜ ਇਹਨਾਂ ਦੀਆਂ ਚਲਾਕੀਆਂ ਨੂੰ ਸਮਝਣ ਦੀ ਲੋੜ ਆ। ਪਹਿਲਾਂ ਸਾਨੂੰ ਪਤਾ ਹੁੰਦਾ ਸੀ ਸਾਡਾ ਦੁਸ਼ਮਣ ਕੌਣ ਆ, ਅੱਜ ਸਾਨੂੰ ਇਹ ਆਪਸ 'ਚ ਹੀ ਲੜਾ ਰਹੇ ਆ। ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬੀ ਟੀਚਰਸ ਲਾਏ ਹੋਏ ਆ, ਜਿਹੜੇ ਅੱਜ ਸਾਡੇ ਪੰਜਾਬੀ ਨਹੀਂ ਪੜ੍ਹਾ ਰਹੇ ਤੇ ਜਿਨ੍ਹਾਂ ਨੇ ਸਾਡੇ ਦੇ ਘੱਲੂਘਾਰੇ ਕੀਤੇ ਆ, ਉਹਨਾਂ ਬਾਰੇ ਦੱਸ ਰਹੇ ਆ। ਇਹ ਸਾਡਾ ਫਰਜ਼ ਬਣਦਾ ਬੱਚਿਆਂ ਨੂੰ ਦੱਸੀਏ ਉਹ ਯੋਧੇ ਕੌਣ ਸਨ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ, ਉਹਨਾਂ ਦੀਆਂ ਫੋਟੋਆਂ ਘਰਾਂ 'ਚ ਲਾਈਏ। ਤੇ ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਆ। ਯੂਨਾਈਟਿਡ ਵੀ ਸਟੈਂਡ, ਡਿਵਾਈਡਡ ਵੀ ਫਾਲ, ਟੂਗੈਦਰ ਵੀ ਸਟੇ ਸਟਰੋਂਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਇਹ ਸੀ ਇੱਕ ਜਰਨੈਲ ਦਾ ਫਰਜ਼ੰਦ। ਔਰ ਨਾਲ ਹੀ ਨਾਲ ਮੈਂ ਹੁਣ ਬੇਨਤੀ ਕਰਾਂਗਾ ਭਾਈ ਮੋਹਨ ਸਿੰਘ ਜੀ, ਜੋ ਦੂਜੇ ਜਰਨੈਲ ਦਾ ਫਰਜ਼ੰਦ ਹੈ, ਮੇਰੀ ਮੁਰਾਦ ਹੈ ਭਾਈ ਸਾਹਿਬ ਭਾਈ ਮਹਿਲ ਸਿੰਘ ਬੱਬਰ ਤੇ ਇਹਨਾਂ ਦੇ ਸਪੁੱਤਰ ਭਾਈ ਮੋਹਨ ਸਿੰਘ ਜੀ, ਜੋ ਭਤੀਜੇ ਹਨ ਭਾਈ ਸੁਖਦੇਵ ਸਿੰਘ ਬੱਬਰ ਦੇ, ਉਹਨਾਂ ਨੂੰ ਬੇਨਤੀ ਹੈ ਉਹ ਵੀ ਸਟੇਜ 'ਤੇ ਆ ਜਾਣ। ਭਾਈ ਸਤਨਾਮ ਸਿੰਘ ਜੀ ਸਟੂਟਨ ਗੁਰੂ ਘਰ ਤੋਂ, ਉਹਨਾਂ ਨੂੰ ਵੀ ਬੇਨਤੀ ਹੈ ਉਹ ਵੀ ਸਟੇਜ 'ਤੇ ਆ ਜਾਣ। ਇਹਨਾਂ ਤੋਂ ਬਾਅਦ ਜਿਹੜੀ ਹੈ ਜੋ ਸਾਡੇ ਪਾਸ ਬੀਬੀ ਜੀ ਨੇ ਬੋਲਣਾ ਹੈ, ਜੋ ਅਟਰਨੀ ਹੈ ਮਨਦੀਪ ਕੌਰ, ਉਹਨਾਂ ਨੇ ਐਡਵੋਕੇਟ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸਤਰੀ ਬੈਂਕ ਦੀ ਜਿਹੜੀ ਪ੍ਰਧਾਨ ਹੈ, ਉਹਨਾਂ ਨੇ ਬਾਅਦ 'ਚ ਬੋਲਣਾ ਹੈ, ਉਹ ਵੀ ਇੱਧਰ ਸਟੇਜ 'ਤੇ ਲੱਗੇ ਆ ਜਾਣ। ਸਭ ਤੋਂ ਪਹਿਲਾਂ ਹੁਣ ਭਾਈ ਮੋਹਨ ਸਿੰਘ ਜੀ ਜੋ ਭਾਈ ਬਤਾਵਾ ਸਿੰਘ ਜੀ ਦੇ ਲੜਕੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਇਕੱਤਰ ਹੋਏ ਹਾਂ ਜਿਨ੍ਹਾਂ ਦੀ ਨਿਤ ਦੀ ਅਰਦਾਸ ਹੁੰਦੀ ਸੀ, ਕਬੀਰ ਮੋਹ ਮਰਨੇ ਕਾ ਚਾਓ ਹੈ, ਮਰੋਂ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਜੂਨ 1984 ਦੇ ਘੱਲੂਘਾਰੇ ਬਾਰੇ ਦਾਸ ਦੀਆਂ ਅਨੇਕਾਂ ਯਾਦਾਂ ਹਨ, ਕਿਉਂਕਿ ਉਸ ਦਿਨ ਸਾਡਾ ਸਾਰਾ ਪਰਿਵਾਰ ਉੱਥੇ ਦਰਬਾਰ ਸਾਹਿਬ ਅੰਦਰ ਮੌਜੂਦ ਸੀ। ਦਾਸ ਦੇ ਪਿਤਾ ਜੀ ਸਰਦਾਰ ਮਹਿਲ ਸਿੰਘ ਜੀ ਬੱਬਰ ਤੇ ਚਾਚਾ ਜੀ ਜਥੇਦਾਰ ਸੁਖਦੇਵ ਸਿੰਘ ਹੁਣੇ, ਜਿਨ੍ਹਾਂ ਨੇ 35 ਨਿਰੰਕਾਰੀਆਂ ਦਾ ਸੋਧਾ ਲਾਇਆ ਸੀ। ਉਸ ਤੋਂ ਬਾਅਦ ਉੱਥੇ ਗੁਰੂ ਨਾਨਕ ਨਿਵਾਸ ਸਰਾਂ ਵਿੱਚ ਰਹਿੰਦੇ ਸੀ। ਇਸ ਕਰਕੇ ਸਾਨੂੰ ਜਦੋਂ ਵੀ ਛੁੱਟੀਆਂ ਹੁੰਦੀਆਂ ਸੀ ਤੇ ਅਸੀਂ ਉੱਥੇ ਉਹਨਾਂ ਕੋਲ ਅੰਦਰ ਜਾ ਕੇ ਰਹਿੰਦੇ ਸੀ। ਜੂਨ ਦੀਆਂ ਛੁੱਟੀਆਂ ਹੋਣ ਕਰਕੇ ਅਸੀਂ ਘੱਲੂਘਾਰੇ ਤੋਂ ਇੱਕ ਦਿਨ ਪਹਿਲਾਂ 31 ਤਰੀਕ ਨੂੰ ਉੱਥੇ ਅੰਦਰ ਪਹੁੰਚ ਗਏ ਸੀ। ਉਸ ਦਿਨ ਜਿੱਦਣ 1 ਜੂਨ ਨੂੰ ਗੋਲੀਬਾਰੀ ਸ਼ੁਰੂ ਹੋਈ ਆ
ਤੇ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋਏ ਨੇ। ਉਦਣ ਅਸੀਂ ਸਾਰੇ ਗੁਰੂ ਨਾਨਕ ਨਿਵਾਸ ਸਰਾਂ ਦੀ ਬਾਰੀ ਦੇ ਵਿੱਚੋਂ ਜਿਹੜਾ ਜਥੇਦਾਰ ਸੁਖਦੇਵ ਸਿੰਘ ਉਹਨਾਂ ਦਾ ਕਮਰਾ ਸੀ, ਉੱਥੋਂ ਗੁਰੂ ਨਾਨਕ ਨਿਵਾਸ ਸਰਾਂ ਦੇ ਵਿੱਚੋਂ ਕਮਰੇ 'ਚੋਂ ਬਾਬਾ ਅਟਲ ਸਾਹਿਬ ਗੁਰਦੁਆਰਾ ਦੂਰੋਂ ਦਿਸਦਾ ਸੀ, ਜਿਹਦੀ 7ਵੀਂ ਮੰਜ਼ਿਲ ਦੇ ਉੱਤੇ ਭਾਈ ਮਹਿੰਗਾ ਸਿੰਘ ਬੱਬਰ ਹੋਣਾ ਨੇ ਮੋਰਚਾ ਬਣਾਇਆ ਸੀ। ਤੇ ਜਦੋਂ ਉਹ ਮੋਰਚੇ ਦੇ ਵਿੱਚੋਂ ਉਹਨਾਂ ਨੇ 7ਵੀਂ ਮੰਜ਼ਿਲ ਤੋਂ ਨਿਸ਼ਾਨਾ ਸਹੀ ਨਾ ਲੱਗਾ ਤੇ ਉਹਨਾਂ ਨੇ ਉੱਪਰ 9ਵੀਂ ਮੰਜ਼ਿਲ ਜਿਹੜਾ ਬਿਲਕੁਲ ਗੁੰਬਦ ਦੇ ਨਾਲ ਆ ਉੱਥੇ ਚਲੇ ਗਏ। ਤੇ ਇੱਥੋਂ ਸਾਰੇ ਸਿੰਘ ਭਾਈ ਅਨੋਖ ਸਿੰਘ ਬੱਬਰ, ਭਾਈ ਸੁਲੱਖਣ ਸਿੰਘ ਹੁਣੀ ਸਾਰੇ ਦੇਖਦੇ ਸੀ। ਤੇ ਜਥੇਦਾਰ ਸੁਖਦੇਵ ਸਿੰਘ ਹੁਣੀ ਕਹਿਣ ਲੱਗੇ, ਕਹਿੰਦੇ ਦੇਖ ਲੈ ਇਹਨੂੰ ਭੋਰਾ ਡਰ ਨਹੀਂ ਲੱਗਦਾ ਵੀ ਕਿੱਦਾਂ ਉੱਤੇ ਦਾ ਉੱਤੇ ਹੀ ਚੜ੍ਹਦਾ ਜਾਂਦਾ ਹੈ ਨਾ। ਤੇ ਜਦੋਂ ਭਾਈ ਮਹਿੰਗਾ ਸਿੰਘ ਬੱਬਰ ਹੋਣਾ ਨੇ ਉੱਥੇ ਗੋਲੀਬਾਰੀ ਕਰਦਿਆਂ ਹੋਇਆਂ CRP ਦਾ ਮੋਰਚਾ ਖਾਲੀ ਕਰ ਦਿੱਤਾ, ਉਸ ਤੋਂ ਬਾਅਦ ਉਹਨਾਂ ਨੇ ਵੇਖਣ ਦੇ ਲਈ ਮਾੜਾ ਜਿਹਾ ਆਪਣਾ ਸੀਸ ਉੱਤੇ ਕੀਤਾ, ਕਿਉਂਕਿ ਉਹਨਾਂ ਨੇ ਕੇਸਰੀ ਦਮਾਲਾ ਸਜਾਇਆ ਹੋਇਆ ਸੀ। ਤੇ ਜਦੋਂ ਉਹਨਾਂ ਨੇ ਆਪਣਾ ਸੀਸ ਉੱਪਰ ਕੀਤਾ ਤੇ ਦੂਰੋਂ ਉਹਨਾਂ ਦਾ ਬ੍ਰੈਸਟ ਆ ਕੇ ਕੰਨ ਦੇ ਵਾਲੇ ਪਾਸੇ ਦੇ ਪੁੜਪੜੀ ਤੇ ਵੱਜਾ ਤੇ ਇੱਕਦਮ ਉਹਨਾਂ ਦਾ ਸਿਰ ਥੱਲੇ ਹੋ ਗਿਆ। ਸਾਨੂੰ ਸਾਰਿਆਂ ਨੂੰ ਇਹ ਸੀ ਵੀ ਪਤਾ ਨਹੀਂ ਗੋਲੀ ਉਹਨਾਂ ਦੇ ਲੱਗੀ ਹੈ ਜਾਂ ਨਹੀਂ ਲੱਗੀ। ਇਸ ਕਰਕੇ ਜਥੇਦਾਰ ਸੁਖਦੇਵ ਸਿੰਘ ਹੁਣਾਂ ਨੇ ਵਾਕੀ ਟੋਕੀ ਦੇ ਉੱਤੇ ਪੁੱਛਿਆ, 2-3 ਵਾਰੀ ਆਵਾਜ਼ਾਂ ਮਾਰੀਆਂ, ਆਵਾਜ਼ ਨਹੀਂ ਆਈ। ਫਿਰ ਉਹਨਾਂ ਨੇ ਇੱਕ ਵਾਰੀ ਅਖੀਰ 'ਚ ਫਿਰ ਪੁੱਛਿਆ, ਕਹਿੰਦੇ ਮਹਿੰਗਾ ਸਿੰਘ ਕੀ ਹਾਲ ਆ ਤੇਰਾ। ਫਿਰ ਅੱਗੋਂ ਉਹਨਾਂ ਦੇ ਇੱਕ ਆਖਰੀ ਬੋਲ ਜਿਹੜੇ ਨੇ ਅਮਰ ਹੋ ਗਏ, ਉਹ ਉਹਨਾਂ ਦੇ ਅੱਗੋਂ ਆਵਾਜ਼ ਆਈ, ਕਹਿੰਦੇ ਜੀ ਚੜ੍ਹਦੀ ਕਲਾ ਹੋ ਗਈ। ਔਰ ਇਸ ਤੋਂ ਬਾਅਦ ਭਾਈ ਮਹਿੰਗਾ ਸਿੰਘ ਹੁਣੇ ਸ਼ਹੀਦ ਹੋ ਗਏ। ਫਿਰ ਉਹਨਾਂ ਦਾ ਸਰੀਰ ਉੱਥੋਂ ਸਿੰਘਾਂ ਨੇ ਬਾਬਾ ਅਟਲ ਸਾਹਿਬ ਗੁਰਦੁਆਰਾ ਸਾਹਿਬ ਤੋਂ ਲਿਆ ਕੇ ਫਿਰ ਜਦੋਂ ਇਸ਼ਨਾਨ ਪਾਣੀ ਕਰਾ ਕੇ ਤਿਆਰ ਕਰਕੇ ਤੇ ਉਹਨਾਂ ਦਾ ਸੰਸਕਾਰ ਕਰਨ ਲੱਗੇ। ਉਸ ਮਹਾਨ ਸੂਰਬੀਰ ਯੋਧੇ ਦੀ ਮਾਤਾ ਉਹਨਾਂ ਨੇ ਉਹਨਾਂ ਦੇ ਸੀਸ ਵਾਲੇ ਪਾਸੇ ਜਾ ਕੇ ਖੜੇ ਹੋ ਕੇ, ਮਤਲਬ ਤਿਆਰ ਤਾਂ ਸਾਰਾ ਸਿੰਘਾਂ ਨੇ ਕਰ ਦਿੱਤਾ ਸੀ ਉਹਨਾਂ ਨੂੰ, ਪਰ ਉਹਨਾਂ ਦੇ ਮਾਤਾ ਜੀ ਨੇ ਆਪਣੇ ਸ਼ਹੀਦ ਪੁੱਤਰ ਦੇ ਚਿਹਰੇ ਦੇ ਨੇੜੇ ਜਾ ਕੇ ਆਪਣੇ ਦੋਨਾਂ ਹੱਥਾਂ ਨਾਲ ਉਹਨਾਂ ਦੀਆਂ ਮੁੱਛਾਂ ਨੂੰ ਵੱਟ ਦਿੱਤਾ। ਮਤਲਬ ਉਸ ਮਾਤਾ ਜਿਹਦਾ ਪੁੱਤਰ ਸਾਹਮਣੇ ਸ਼ਹੀਦ ਪਿਆ ਹੋਵੇ, ਆਪਣੇ ਸ਼ਹੀਦ ਪੁੱਤਰ ਨੂੰ ਜਿਹਨੂੰ ਬਚਪਨ ਤੋਂ ਕਿੱਦਾਂ ਉਹਨਾਂ ਨੇ ਕਹਿ ਲਓ ਕਿ ਪਾਲਿਆ ਪੋਸਿਆ, ਉਹਦੇ ਸ਼ਹੀਦ ਪਏ ਪੁੱਤਰ ਦੀਆਂ ਮੁੱਛਾਂ ਨੂੰ ਵੱਟ ਦਿੱਤਾ। ਇਹ ਵੇਖ ਕੇ ਸਾਰੇ ਜਿੰਨੇ ਵੀ ਸਿੰਘ ਸੀਗੇ ਉਹਨਾਂ ਦੇ ਹੌਸਲੇ ਹੋਰ ਬੁਲੰਦ ਹੋਏ। ਤੇ ਇਸ ਤਰ੍ਹਾਂ ਦੀਆਂ ਕਈ ਹੋਰ ਯਾਦਾਂ ਨੇ। ਚਲੋ ਸਮਾਂ ਮਤਲਬ ਸੀਮਤ ਹੋਣ ਕਰਕੇ ਸਾਰੀਆਂ ਤਾਂ ਨਹੀਂ ਵਿਚਾਰੀਆਂ ਜਾ ਸਕਦੀਆਂ। ਅਖੀਰ ਜਦੋਂ ਚੱਲਦੀ ਜੰਗ ਦੇ ਵਿੱਚ ਟਰਾਂਸਮੀਟਰ ਨਹੀਂ ਸੀ ਚੱਲ ਰਿਹਾ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਪਿਤਾ ਜੀ ਨੂੰ ਸੁਨੇਹਾ ਆਇਆ, ਕਿਉਂਕਿ ਪਿਤਾ ਜੀ ਜਿਹੜੇ ਸੀ ਉਹ ਇਲੈਕਟ੍ਰੋਨਿਕਸ ਦੇ ਕਾਫੀ ਮਾਹਿਰ ਸੀ ਅਤੇ ਏਅਰ ਫੋਰਸ ਦੇ ਵਿੱਚ ਉਹ ਪਹਿਲਾਂ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਇੱਕ ਫੈਕਟਰੀ ਵੀ ਚਲਾਈ ਸੀਗੀ ਚੰਡੀਗੜ੍ਹ ਦੇ ਵਿੱਚ, ਜਿਹਦੇ ਵਿੱਚ ਜਹਾਜ਼ਾਂ ਦੇ ਪੁਰਜੇ ਬਣਦੇ ਸੀ। ਤੇ ਜਦੋਂ ਇਹਨਾਂ ਨੂੰ ਸੁਨੇਹਾ ਭੇਜਿਆ ਗਿਆ ਤੇ ਫਿਰ ਵਰਦੀਆਂ ਗੋਲੀਆਂ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਪਹੁੰਚੇ। ਉੱਥੇ ਕਰੀਬ ਦੱਸਦੇ ਪਿਤਾ ਜੀ ਕਿ ਮੈਂ 1 ਘੰਟਾ ਭਾਈ ਅਮਰੀਕ ਸਿੰਘ ਹੁਣੀ ਤੇ ਅਸੀਂ ਦੋਨੇ ਬੈਠੇ ਉਹ ਟਰਾਂਸਮੀਟਰ ਨੂੰ ਠੀਕ ਕਰਦੇ ਰਹੇ। ਫਿਰ ਕਹਿੰਦੇ ਜਦੋਂ ਅਸੀਂ ਵਾਪਸ ਆਉਣ ਲੱਗਾ ਮੈਂ ਤੇ ਭਾਈ ਅਮਰੀਕ ਸਿੰਘ ਹੁਣਾਂ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ। ਕਹਿੰਦੇ ਵੀ ਘੱਟੋ ਘੱਟ 5-7 ਮਿੰਟ ਜੱਫੀ ਪਾ ਛੱਡੀ। ਜਦੋਂ ਵੀ ਮੈਂ ਤੁਰਨ ਲੱਗਾ ਮੈਨੂੰ ਫਿਰ ਘੁੱਟ ਕੇ ਜੱਫੀ 'ਚ ਲੈ ਕੇ ਕਹਿਣ ਵੀ ਭਾਈ ਸਾਹਿਬ ਹੁਣ ਪਤਾ ਨਹੀਂ ਬਾਅਦ 'ਚ ਮੇਲੇ ਕਿਤੇ ਹੋਣੇ ਆ ਕਿ ਨਹੀਂ। ਤੇ ਇਹਨਾਂ ਹਾਲਾਤਾਂ ਦੇ ਵਿੱਚ ਸਿੰਘਾਂ ਨੇ ਉੱਥੇ ਮਤਲਬ ਕਿ ਜ਼ਬਰ ਦਾ ਜ਼ੁਲਮ ਦਾ ਉੱਥੇ ਟਾਕਰਾ ਕੀਤਾ। ਜਿਹੜੇ ਹਥਿਆਰ ਨੇ ਬਹੁਤ ਸੀਮਤ ਸੀਗੇ। ਸ਼ਾਇਦ ਕਾਫੀ ਮੈਨੂੰ ਲੱਗਦਾ ਘੱਟ ਸੰਗਤ ਨੂੰ ਇਸ ਬਾਰੇ ਜਾਣਕਾਰੀ ਹੋਊਗੀ ਕਿ ਸਿੰਘਾਂ ਨੇ ਅੰਦਰ ਹਥਿਆਰ ਬਣਾਉਣ ਵਾਲੀ ਇੱਕ ਫੈਕਟਰੀ ਵੀ ਲਾਈ ਸੀ, ਜਿਹੜੀ ਪੂਰਬੀ ਬਾਈ ਲੰਗਰ ਹਾਲ ਦੇ ਲਾਗੇ ਜਿੱਥੋਂ ਆਪਾਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਐਂਟਰ ਹੋਈਦਾ, ਉਹਦੇ ਉੱਤੇ ਇੱਕ ਕਮਰਾ ਹੁੰਦਾ ਸੀ। ਉਸ ਕਮਰੇ ਦੇ ਵਿੱਚ ਜਿੱਦਾਂ ਕਹਿ ਲਓ ਕਿ ਉਹ ਫੈਕਟਰੀ ਲਾਈ ਸੀ, ਜਿਹਦੇ ਵਿੱਚ ਹਰ ਕਿਸਮ ਦੀਆਂ ਮਸ਼ੀਨਾਂ ਜਿਹੜੀਆਂ ਹਥਿਆਰ ਬਣਾਉਣ ਲਈ ਕੰਮ ਆਉਂਦੀਆਂ ਸੀ ਉਹ ਉੱਥੇ ਰੱਖੀਆਂ ਸੀ, ਜਿਹਦੇ ਨਾਲ ਉੱਥੇ ਪਿਸਤੌਲ ਇੱਥੋਂ ਤੱਕ ਸਟੇਨ ਗਨ ਵੀ ਸਿੰਘਾਂ ਨੇ ਬਣਾਈ। ਅਤੇ ਉੱਥੇ ਨਾਲ ਜਿਹੜੇ ਕਹਿ ਲਓ ਕਿ ਆਪਣੀ LMG ਦੇ ਰੌਂਦ ਹੁੰਦੇ ਆ ਉਹਦੇ ਵਿੱਚ ਵੀ ਬਰੂਦ ਲਿਆ ਕੇ ਰੱਖਿਆ ਹੋਇਆ ਸੀ, ਕਿਉਂਕਿ ਕੁਝ ਮਹੀਨੇ ਪਹਿਲਾਂ ਜਿਹੜੇ ਤਲਵੰਡੀ ਸਾਬੋ ਆ ਉੱਥੇ ਕਸਲਾ ਟੀਪੂ ਸਿੰਘਾਂ ਨੇ ਲੁੱਟਿਆ ਸੀ, ਉਹਦੇ ਵਿੱਚੋਂ ਕਾਫੀ ਗੰਨਾਂ ਲਿਆਂਦੀਆਂ ਸੀ। ਨਾਲ ਜਿਹੜਾ ਬਲੈਕ ਗਨ ਪਾਊਡਰ ਹੁੰਦਾ ਆ ਉਹ ਵੀ ਲਿਆਂਦਾ ਸੀ। ਉਹਦੇ ਨਾਲ ਆਪ ਹੀ ਉੱਥੇ ਗੋਲੀਆਂ ਭਰ ਕੇ ਤੇ ਦੁਬਾਰਾ ਫਿਰ ਉਹਨਾਂ ਨੂੰ ਤਿਆਰ ਕਰ ਲੈਂਦੇ ਸੀ।
ਤੇ ਉਹ ਜਿਹੜੀ ਫੈਕਟਰੀ ਆ ਉਹਦੇ ਬਾਰੇ ਜਾਣਕਾਰੀ ਦੇਣ ਲਈ, ਜਿੱਦਾਂ ਹੁਣ ਭਾਈ ਸਾਹਿਬ ਹੁਣਾਂ ਨੇ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ, ਇੱਕ ਵੀਡੀਓ ਹੈ ਪਿਤਾ ਜੀ ਹੁਣਾਂ ਦੀ ਜਿਹਦੇ 'ਚ ਉਹ ਆਪ ਦੱਸ ਰਹੇ ਨੇ ਕਿ ਕਿਵੇਂ ਉਹਨਾਂ ਨੇ ਉਹ ਫੈਕਟਰੀ ਤਿਆਰ ਕੀਤੀ। ਤੇ ਜਦੋਂ ਫਿਰ ਫੌਜ ਨੇ ਹਮਲੇ ਤੋਂ ਬਾਅਦ ਉਹ ਸਾਰੀ ਫੈਕਟਰੀ ਵੇਖੀ ਤਾਂ ਉਸ ਵੇਲੇ ਦੀ ਵੀ ਰਿਕਾਰਡਿੰਗ ਨਾਲ ਸ਼ਾਮਲ ਆ। ਤੇ ਮੈਂ ਹੁਣ ਬੇਨਤੀ ਕਰੂੰਗਾ ਸਿੰਘਾਂ ਨੂੰ ਕਿ ਉਹ ਜਿਹੜੀ ਵੀਡੀਓ ਆ 2 ਮਿੰਟ ਦੀ ਆ ਵੀ ਉਹ ਪਲੇ ਕਰ ਦੇਣ। ਉਹਦੇ ਤੋਂ ਉਹ ਆਪਾਂ ਨੂੰ ਜਾਣਕਾਰੀ ਮਿਲ ਸਕਦੀ ਆ ਕਿ ਕਿਸ ਤਰੀਕੇ ਨਾਲ ਸਿੰਘਾਂ ਨੇ ਅੰਦਰ ਹੀ ਹਥਿਆਰ ਬਣਾਉਣ ਦੀ ਇੱਕ ਫੈਕਟਰੀ ਵੀ ਲਾਈ ਸੀ। ਪਰ ਸਮਾਂ ਥੋੜ੍ਹਾ ਹੋਣ ਕਰਕੇ ਅਜੇ ਉਹਨਾਂ ਨੇ ਇੱਕ ਤੋਪ ਬਣਾ ਕੇ ਟੈਸਟ ਕੀਤੀ ਸੀਗੀ। ਜੇ ਸ਼ਾਇਦ 2-3 ਮਹੀਨੇ ਹੋਰ ਮਿਲ ਜਾਂਦੇ ਤਾਂ ਹੋ ਸਕਦਾ ਇਹਦੇ ਨਾਲ ਦੀਆਂ ਹੋਰ ਵੀ ਅਨੇਕਾਂ ਤੋਪਾਂ ਤਿਆਰ ਕਰਦੇ ਤੇ ਜਿਹੜਾ ਮੁਕਾਬਲਾ ਸੀ ਇਸ ਤੋਂ ਵੀ ਹੋਰ ਜ਼ਿਆਦਾ ਤਕੜਾ ਹੋ ਸਕਦਾ। ਰਾਮਦਾਸ ਰਾਮ ਤੋਂ ਸਾਹਮਣੇ ਜਿਹੜੇ ਡਿਊਟੀ ਹੈ ਜਿੱਥੋਂ ਦਰਬਾਰ ਸਾਹਿਬ ਨੂੰ ਆਉਣਾ ਚਾਹੀਦਾ, ਉਹਦੇ ਖੱਬੇ ਪਾਸੇ ਉੱਥੇ ਇੱਕ ਕਮਰਾ ਸੀ। ਰਾਮਦਾਸ ਰਾਮ ਦੇ ਸਾਹਮਣੇ ਜਿਹੜੇ ਡਿਊਟੀ ਹੈ ਜਿੱਥੋਂ ਦਰਬਾਰ ਸਾਹਿਬ ਨੂੰ ਆਉਣਾ ਚਾਹੀਦਾ, ਉਹਦੇ ਖੱਬੇ ਪਾਸੇ ਉੱਥੇ ਇੱਕ ਕਮਰਾ ਸੀ, ਜਿਹੜਾ ਕਿ ਬਾਅਦ ਵਿੱਚ ਬੱਬਰਾਂ ਦੀ ਫੈਕਟਰੀ ਦੇ ਤੌਰ 'ਤੇ ਮਸ਼ਹੂਰ ਹੋਇਆ ਮੀਡੀਆ ਵਿੱਚ। ਉੱਥੇ ਅਸੀਂ ਵੈਲਡਿੰਗ ਸੈਂਟਰ ਰੱਖਿਆ ਸੀ, ਇੱਕ ਲੇਥ ਲਿਆਂਦੀ ਸੀ, ਇੱਕ ਮਿਲਿੰਗ ਮਸ਼ੀਨ ਲਿਆਂਦੀ ਸੀ, ਇਹਦੇ ਨਾਲ ਹੀ ਸਾਰੇ ਹਥਿਆਰ ਤਿਆਰ ਕਰਦੇ ਸੀ। I showed you the training grenade when we were coming across. That was one thing which was there. Then they had, to some extent, they had plenty of explosives. They had detonators which were time fuses. ਇੱਕ ਅਸੀਂ ਤੋਪ ਵੀ ਬਣਾਈ ਜਿਹਦੇ ਪਹੀਏ ਕੋਈ 2 ਫੁੱਟ ਦਾ ਵਾਇਆ ਵਾਲੇ ਹੈਗੇ ਸੀ। ਉਹਦੇ ਵਾਸਤੇ ਜਿਹੜੀ ਨਾਲੀ ਸੀ ਉਹ ਮੈਂ ਚੰਡੀਗੜ੍ਹ ਤੋਂ ਲੈ ਕੇ ਆਇਆ। ये बताइए, यहाँ पे ग्रेनेड बनाने की मशीनरी रखी हुई है, तो कैसे इन्होंने बनवाया है इसको? ये तो आप सामने देख सकते हैं कि ये ग्रेनेड्स हैं, ये डिफरेंट किस्म के ग्रेनेड हैं, ये दूसरी किस्म के ग्रेनेड हैं जो कि आर्मी ग्रेनेड से रिजेंबल करते हैं। तो ये तो हमें नहीं मालूम टेक्निकल तरीके से कि ये कैसे बनाए जाते हैं, लेकिन हमने तो इसको सिर्फ पकड़ा है। बाकी 600 ਜਿਹੜਾ H-36 ਗ੍ਰੇਨੇਡ ਉਹ ਢਲਾਈ ਕਰਵਾ ਕੇ ਲੈਂਦੇ ਸੀ, ਜਿਹਦੇ ਵਿੱਚ ਅਸੀਂ ਸਿਰਫ 5 ਬਣਾ ਸਕੇ ਸੀ, ਬਾਕੀ ਸਾਰੇ ਕੋਲ ਉਸ ਤਰ੍ਹਾਂ ਸੀ। आप देख रहे हैं ये LMG के ब्रीच ब्लॉक। अच्छा, ये LMG के ब्रीच ब्लॉक भी यहीं बनाते हैं? यहीं बनाते हैं। अच्छा, जरा दिखाइए उनको। इसके अलावा ये पिस्टल, ये देखिए क्रूड फॉर्म है इसकी, ये भी यहीं बनाए जाते हैं। इस तरह की हमने 20-25 पिस्टल, ये भी यहीं बनाए जाते हैं। इस तरह की हमने 20-25 पिस्टल्स डिपॉजिट भी कर दिए। इसके अलावा राइफल्स, 12 बोर राइफल्स, कुछ तो फॉर्मेटिव स्टेज में थी। ਅਸੀਂ ਕੁਝ ਪਿਸਤੌਲ ਬਣਾਏ ਸੀ, ਇੱਕ ਸਟੇਨ ਗਨ ਬਣਾਈ ਸੀ। ਹਮਲਾ ਛੇਤੀ ਹੋਣ ਕਰਕੇ ਸਾਡਾ ਪੂਰਾ ਸਮਾਨ ਬਣ ਨਹੀਂ ਸਕਿਆ। ਤੋਪਾਂ ਸਾਰੀਆਂ ਹੋਰ ਵੀ ਬਣਾਉਣੀਆਂ ਸੀ, ਗ੍ਰੇਨੇਡ ਵੀ ਬਣਾਉਣੇ ਸੀ, ਜਿਹੜੇ ਪਿਸਟਲ ਸੀ ਉਹ ਵੀ ਬਣਾ ਕੇ ਪਿਸਟਲ ਦਾ ਟੈਸਟ ਵੀ ਕੀਤੇ, ਬਹੁਤ ਵਧੀਆ ਚੱਲਦੇ ਸੀ। ਬਾਹਰ ਵੀ ਨਾਲ ਪੁਲਿਸ ਜਿਹੜੇ ਸਟੇਨ ਬਣਾਈ ਸੀ ਉਹ ਵੀ ਬੜੀ ਵਧੀਆ ਸੀ। ਇੱਕ ਉਸ ਤੋਂ ਬਾਅਦ ਜਦੋਂ ਅਟੈਕ ਹੋ ਗਿਆ ਉਹ ਫੈਕਟਰੀ ਤੋਂ ਉੱਤੇ ਗਈ। ਗੁਲਾਮ ਦਾ ਸਲਾਮ ਸਾਹਮਣੇ ਜਿਹੜੇ ਤੇ ਇਸ ਤਰ੍ਹਾਂ 1984 ਦੇ ਹਮਲੇ ਵੇਲੇ ਅਨੇਕਾਂ ਛੋਟੇ-ਛੋਟੇ ਬੱਚੇ, ਬੀਬੀਆਂ ਅਤੇ ਬਜ਼ੁਰਗਾਂ ਨੇ ਸ਼ਹਾਦਤ ਪਾਈ। ਅਨੇਕਾਂ ਗੁਰੂ ਦੇ ਸੂਰਬੀਰ ਯੋਧੇ ਉਸ ਵੇਲੇ ਉੱਥੇ ਸ਼ਹਾਦਤਾਂ ਪਾ ਗਏ। ਉਸ ਤੋਂ ਬਾਅਦ ਵੀ ਲਹੂ ਵੀਟਵੇਂ ਜੋ ਸੰਘਰਸ਼ ਚੱਲਿਆ ਉਹਦੇ ਵਿੱਚ ਅਨੇਕਾਂ ਸੂਰਬੀਰ ਯੋਧੇ ਸ਼ਹੀਦ ਹੋਏ ਨੇ। ਸਾਡੇ ਸਿਰਾਂ ਦੇ ਲੱਗੇ ਨੇ ਮੁੱਲ ਜੋ ਉਹ ਆਜ਼ਾਦੀ ਦੇ ਦਿਨ ਪੁੱਗਣਗੇ। ਬੀਜੇ ਜੋ ਅਸੀਂ ਖੂਨ ਦੇ ਬੂਟੇ ਉਹ ਅੱਜ ਨਹੀਂ ਤਾਂ ਕੱਲ੍ਹ ਨੂੰ ਜ਼ਰੂਰ ਉੱਗਣਗੇ। ਸ਼ਹੀਦਾਂ ਦੇ ਲਹੂ ਦਾ ਇੱਕ ਇੱਕ ਕਤਰਾ ਕੌਮ ਦੀ ਅਣਖ ਦਾ ਦੀਵਾ ਬਾਲਦਾ ਹੈ। ਇੰਨੇ ਸ਼ਬਦ ਪ੍ਰਵਾਨ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਭਾਈ ਮੋਹਨ ਸਿੰਘ ਜੀ ਦਾ। ਮੈਂ ਬੇਨਤੀ ਕਰਾਂਗਾ ਇੱਧਰਲੇ ਪਾਸੇ ਨੂੰ ਆ ਜਾਓ। ਇੱਕ ਭਾਈ ਪਾਲ ਸਿੰਘ ਜੀ ਜੋ ਸਟਾਊਟਨ ਗੁਰੂ ਘਰ ਤੋਂ, ਉਹਨਾਂ ਨੂੰ ਪਹਿਲਾਂ ਹੀ ਬੇਨਤੀ ਕੀਤੀ ਸੀ, ਉਹ ਜੇ ਇੱਥੇ ਆ ਕੇ ਸਟੇਜ ਦੇ ਉੱਤੇ ਆ ਜਾਓ। ਸਾਰੇ ਹੀ ਸਿੰਘਾਂ ਨੂੰ ਜਿਹੜੇ ਸਿਰੋਪਾਓ ਹੈ ਉਹ ਦੇਣੇ ਹੈ। ਹਾਂਜੀ
ਓਕੇ, ਪਹਿਲਾਂ ਸਾਰਿਆਂ ਤੋਂ ਭਾਈ ਰਜੇਸ਼ਵਰ ਸਿੰਘ, ਉਹਨਾਂ ਨੂੰ ਪਹਿਲਾਂ ਜਿਹੜਾ ਸਿਰੋਪਾਉ ਦੀ ਦਾਤ ਹੈ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ, ਜਿਹੜੇ ਮੈਨੇਜਮੈਂਟ ਸਾਰੀਆਂ, ਜਿੰਨੇ ਵੀ ਪ੍ਰਬੰਧਕ ਸੱਜਣ ਹਨ, ਸਾਰੇ ਹੀ ਭਾਈ ਸਾਹਿਬ ਜੀ ਦਾ ਜਿਹੜਾ ਸਤਿਕਾਰ ਹੈ ਕਰਨਗੇ। ਬੋਲੇ ਸੋ ਨਿਹਾਲ। ਭਾਈ ਧੰਨਾ ਸਿੰਘ ਜੀ ਜੋ ਪੰਥਕ ਕਮੇਟੀ ਦੇ ਗੁਰੂ ਪਿਆਰਿਓ ਇਹ ਮੈਂਬਰ ਰਹੇ ਆ, ਇਹਨਾਂ ਦੀ ਵੀ ਬਹੁਤ, ਭਾਈ ਧੰਨਾ ਸਿੰਘ ਦੀ ਸੇਵਾ ਹੈ। ਇਹ ਕੈਲੀਫੋਰਨੀਆ ਗੱਤਕਾ ਦਲ ਵੱਲੋਂ ਸਿਰੋਪਾਉ ਜਿਹੜਾ ਹੈ ਦਿੱਤਾ ਗਿਆ। ਭਾਈ ਅਜੈਬ ਸਿੰਘ ਜੀ ਮੱਲੀ ਯੂਬਾ ਸਿਟੀ ਤੋਂ, ਉਹਨਾਂ ਵੱਲੋਂ ਭਾਈ ਸਾਹਿਬ ਜੀ ਨੂੰ ਸਿਰੋਪਾਉ ਦਿੱਤਾ ਗਿਆ। ਤੇ ਜਿਹੜੀ ਹੈ ਗੁਰੂ ਪਿਆਰਿਓ ਕਹਿੰਦੇ ਸੇਵਾ ਕੌਮ ਦੀ ਕਰਨੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖੱਲੀਆਂ ਨੇ। ਜਿਨ੍ਹਾਂ ਕੌਮ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ, ਕਿਉਂਕਿ ਬਹੁਤ ਮੁਸੀਬਤਾਂ ਇਹਨਾਂ ਪਰਿਵਾਰਾਂ ਨੇ ਜਿਹੜੀਆਂ ਝੱਲੀਆਂ ਹੈ। ਕਿੱਦਾਂ ਇਹ ਗਰੋ ਅਪ ਹੋਏ ਆ, ਕਿੱਦਾਂ ਵੱਡੇ ਹੋਏ ਆ, ਇਹ ਸਿਰਫ ਇਹ ਪਰਿਵਾਰ, ਇਹ ਬੱਚੇ ਹੀ ਜਾਣਦੇ ਆ। ਪਰ ਮਨਟੀਕੇ ਤੋਂ ਭਾਈ ਜੋਗਿੰਦਰ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਉਹ ਵੀ ਸਟੇਜ ਦੇ ਉੱਤੇ ਆ ਜਾਣ। ਭਾਈ ਸੰਤ ਸਿੰਘ ਜੀ ਹੋਥੀ, ਉਹ ਵੀ ਸਟੇਜ ਦੇ ਉੱਤੇ ਆ ਜਾਣ। ਭਾਈ ਜਸਵਿੰਦਰ ਸਿੰਘ ਜੀ ਜੰਡੀ, ਉਹਨਾਂ ਨੂੰ ਬੇਨਤੀ ਹੈ ਸਟੇਜ ਦੇ ਉੱਤੇ ਆ ਜਾਣ। ਜਗਰੂਪ ਸਿੰਘ ਫਰਿਜਨੋ ਤੋਂ, ਉਹਨਾਂ ਨੂੰ ਬੇਨਤੀ ਹੈ ਉਹ ਵੀ ਸਟੇਜ ਦੇ ਉੱਤੇ ਆ ਜਾਣ। ਬਾਬਾ ਰਤਨ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਸਟੇਜ ਦੇ ਉੱਤੇ ਆ ਜਾਣ। ਜਤਿੰਦਰ ਸਿੰਘ ਫਰਿਜਨੋ ਤੋਂ, ਉਹਨਾਂ ਨੂੰ ਬੇਨਤੀ ਹੈ ਉਹ ਵੀ ਸਟੇਜ ਦੇ ਉੱਤੇ ਆ ਜਾਣ। ਭਾਈ ਧਨਵੰਤ ਸਿੰਘ ਜੀ ਮੱਲੀ ਐਲਸਵਰਾਟੇ ਗੁਰੂ ਘਰ ਤੋਂ, ਉਹਨਾਂ ਨੂੰ ਵੀ ਬੇਨਤੀ ਹੈ ਸਟੇਜ ਦੇ ਉੱਤੇ ਆ ਜਾਣ। ਬਾਪੂ ਗੋਪਾਲ ਸਿੰਘ ਜੀ ਸ਼ਹੀਦ, ਉਹਨਾਂ ਨੂੰ ਬੇਨਤੀ ਹੈ ਫਰੀ ਮੋਡ ਤੋਂ ਜਿਹੜੇ, ਉਹ ਵੀ ਸਟੇਜ ਦੇ ਉੱਤੇ ਆ ਜਾਣ। ਤਰਸੇਮ ਸਿੰਘ ਜੀ ਟਲੈਰੀ, ਉਹ ਵੀ ਸਟੇਜ ਦੇ ਉੱਤੇ ਆ ਜਾਣ। ਗੁਰੂ ਪਿਆਰਿਓ, ਵਾਕਿਆ ਹੀ ਇਹਨਾਂ, ਵੈਸੇ ਤਾਂ ਸਾਰਿਆਂ ਦਾ ਹੀ ਧੰਨਵਾਦ ਹੈ ਜਿੰਨੇ ਵੀ ਆਪ ਇੱਥੇ ਪਹੁੰਚੇ ਹੋ, ਪਰ ਇਹਨਾਂ ਦੇ ਲਈ ਭਾਈ ਮੋਹਨ ਸਿੰਘ ਜੀ, ਇਹਨਾਂ ਦੇ ਲਈ, ਔਰ ਸਾਡੇ ਬਹੁਤ ਹੀ ਅਜੀਜ਼ ਰਜੇਸ਼ਵਰ ਸਿੰਘ, ਜੋ ਇਹਨਾਂ ਦੇ ਲਈ ਜਿਹੜਾ ਹੈ ਸ਼ਬਦ ਨਹੀਂ ਹੈ ਕਿ ਇਹਨਾਂ ਨੇ ਸਨ ਫਰਾਂਸਿਸਕੋ ਦੀ ਧਰਤੀ 'ਤੇ ਆ ਕੇ ਇਹ ਜੋ ਵੱਡਾ ਪਰਉਪਕਾਰ ਜਿਹੜਾ ਕੀਤਾ, ਸਾਡੇ ਸਮੁੱਚੀਆਂ ਸੰਗਤਾਂ ਨੂੰ ਜਿਹੜੇ ਦਰਸ਼ਨ ਦਿਦਾਰੇ ਦੇ ਕੇ ਇਹਨੇ ਨਿਹਾਲ ਕੀਤਾ ਹੈ। ਕਿਉਂਕਿ ਬਹੁਤ ਹੀ ਕੁਰਬਾਨੀ ਦਾ ਜਿਹੜਾ ਜਜ਼ਬਾ, ਔਰ ਇਹਨਾਂ ਪਰਿਵਾਰਾਂ ਦੀ ਜਿਹੜੀ ਖੂਨ ਦੇ ਵਿੱਚ ਕੁੱਟ-ਕੁੱਟ ਕੇ ਕੁਰਬਾਨੀ ਦਾ ਜਜ਼ਬਾ ਜਿਹੜਾ ਉਹ ਭਰਿਆ ਪਿਆ ਹੈ। ਸਤਿਗੁਰ ਜੀ ਰਹਿਮਤ ਕਰੇ। ਇਸੇ ਤਰ੍ਹਾਂ ਸਾਡਾ ਫਰਜ਼ ਹੈ ਇਹਨਾਂ ਪਰਿਵਾਰਾਂ 'ਤੇ, ਕੋਈ ਜਿਹੜੀਆਂ ਏਜੰਸੀਆਂ ਦੇ ਲੋਕ ਚਿੱਕੜ ਸਿੱਟਦੇ ਹਨ, ਇਹਨਾਂ ਪਰਿਵਾਰਾਂ ਦੇ ਨਾਲ ਖੜਨਾ, ਔਰ ਇਹਨਾਂ ਦੀ ਜੋ ਹਿੱਕ ਠੋਕ ਕੇ ਜਿਹੜੀ ਹੈ ਹਰ ਤਰ੍ਹਾਂ ਦੀ ਜਿਹੜੀ ਹਮਾਇਤ ਜਿਹੜੀ ਹੈ ਕਰਨੀ ਹੈ। ਕਿਉਂਕਿ ਏਜੰਸੀਆਂ ਦਾ, ਜਿੱਦਾਂ ਭਾਈ ਸਾਹਿਬ ਜੀ ਪਹਿਲੇ ਕਹਿ ਕੇ ਗਏ ਹਨ, ਪੈਰਲਲ 'ਤੇ ਜ਼ੋਰ ਲੱਗਾ ਪਿਆ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ 'ਤੇ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਹੈ ਚਿੱਕੜ ਸਿੱਟ ਕੇ ਇਹਨਾਂ ਨੂੰ ਬਦਨਾਮ ਕੀਤਾ ਜਾਵੇ। ਸਾਡੀ ਪੂਰੇ ਸਿੱਖ ਪੰਥ ਦਾ, ਸਾਰੀ ਕੌਮ ਦਾ ਇਹ ਫਰਜ਼ ਬਣਦਾ ਹੈ ਕਿ ਜਿਹੜੇ ਸ਼ਹੀਦ ਖਾਲਸਾ ਪੰਥ ਤੋਂ ਸ਼ਹੀਦੀਆਂ ਦੇ ਗਏ, ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰੀਏ, ਔਰ ਪਰਿਵਾਰਾਂ ਦੇ ਨਾਲ ਜਿਹੜਾ ਖੜ ਕੇ ਹਮੇਸ਼ਾ ਦੇ ਲਈ ਇਹਨਾਂ ਦਾ ਜੋ ਸਾਥ ਜਿਹੜਾ ਹੈ ਉਹ ਦਿੰਦੇ ਰਹੀਏ। ਬੋਲੇ ਸੋ ਨਿਹਾਲ। ਸਾਰੇ ਪਤਵੰਤਿਆਂ ਦਾ ਬਹੁਤ ਧੰਨਵਾਦ ਹੈ। ਭਾਈ ਧੰਨਾ ਸਿੰਘ ਜੀ ਪੰਥਕ ਕਮੇਟੀ ਦੇ, ਇਹਨਾਂ ਦਾ ਵੀ ਬਹੁਤ ਧੰਨਵਾਦ ਹੈ। ਭਾਈ ਤਰਸੇਮ ਸਿੰਘ ਜੀ ਟਲਹਿਰੀ, ਉਹ ਵੀ ਸਿਰੋਪਾਉ ਜਿਹੜਾ ਹੈ ਸਿੰਘ ਸਾਹਿਬ ਜੀ ਨੂੰ ਦੇ ਰਹੇ ਹਨ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਸਮੁੱਚੇ ਪ੍ਰਬੰਧਾਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਕੌਮ ਦੇ ਮਹਾਨ ਸ਼ਹੀਦਾਂ ਦੇ ਪਰਿਵਾਰ ਜਿਨ੍ਹਾਂ ਨੂੰ ਇਸ ਸਟੇਜ 'ਤੇ ਹੁਣ ਸਨਮਾਨ ਕੀਤਾ ਜਾਵੇਗਾ,
ਉਹ ਸਾਰੇ ਜਾਣੇ ਪਲੀਜ਼, ਮੈਂ ਨਾਂ 1 ਬਾਈ 1 ਲਵਾਂਗਾ, ਸਾਰੇ ਜਾਣੇ ਸਟੇਜ ਤੇ ਆ ਜਾਣ। ਸ਼ਹੀਦ ਭਾਈ ਹਰਿੰਦਰ ਸਿੰਘ ਔਰ ਹਰੀ ਸਿੰਘ ਦੇ ਕਜ਼ਨ ਭਾਈ ਕੁਲਦੀਪ ਸਿੰਘ ਬਾਜਵਾ, ਸ਼ਹੀਦ ਭਾਈ ਭੁਪਿੰਦਰ ਸਿੰਘ ਅਲੀਪੁਰ ਦੇ ਭੈਣ ਜੀ ਹਰਜੀਤ ਕੌਰ, ਸ਼ਹੀਦ ਭਾਈ ਬਲਜੀਤ ਸਿੰਘ ਬੱਬਰ ਦੇ ਭੈਣ ਜੀ ਬੀਬੀ ਜਸਵਿੰਦਰ ਕੌਰ ਖਾਲਸਾ, ਸ਼ਹੀਦ ਭਾਈ ਗੁਰਨਾਮ ਸਿੰਘ ਬੱਬਰ ਦੇ ਭਰਾ ਜਗਦੀਸ਼ ਸਿੰਘ, ਸ਼ਹੀਦ ਭਾਈ ਸਤਨਾਮ ਸਿੰਘ ਫੌਜੀ ਦੇ ਭਰਾ ਸ਼ੀਤਲ ਸਿੰਘ, ਸ਼ਹੀਦ ਭਾਈ ਹਰਜੀਤ ਸਿੰਘ ਉਰਫ ਭਾਈ ਚਮਕੌਰ ਸਿੰਘ ਦੇ ਭੈਣ ਜੀ ਬੀਬੀ ਰਾਜਵੰਤ ਕੌਰ, ਲੰਗਰ ਇੰਚਾਰਜ ਭਾਈ ਗੁਰਮੀਤ ਸਿੰਘ ਦੇ ਭਰਾ ਜਾਂ ਭਤੀਜੇ ਗੁਰਜੀਵਨ ਸਿੰਘ ਦੇ ਚਾਚਾ ਜੀ ਸ਼ਹੀਦ ਭਾਈ ਬਲਵਿੰਦਰ ਸਿੰਘ ਜੀ ਬੱਬਰ, ਸ਼ਹੀਦ ਭਾਈ ਇਕਬਾਲ ਸਿੰਘ ਬੱਬਰ ਦੇ ਭਰਾ ਭਾਈ ਕਿਰਪਾਲ ਸਿੰਘ ਜੱਜ, ਸ਼ਹੀਦ ਭਾਈ ਸੁਖਵੇਰ ਸਿੰਘ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੀ ਪਤਨੀ ਬੀਬੀ ਕਸ਼ਮੀਰ ਕੌਰ, ਸ਼ਹੀਦ ਭਾਈ ਧਰਮਵੀਰ ਸਿੰਘ ਦੇ ਭਾਣਜੇ ਭਾਈ ਤਜਿੰਦਰ ਸਿੰਘ, ਸ਼ਹੀਦ ਭਾਈ ਜਸਵਿੰਦਰ ਸਿੰਘ ਬੱਬਰ ਦੇ ਭਰਾ ਭਾਈ ਬਲਵਿੰਦਰਪਾਲ ਸਿੰਘ ਜੀ ਖਾਲਸਾ, ਸ਼ਹੀਦ ਭਾਈ ਸੁਖਵਿੰਦਰ ਸਿੰਘ ਰਾਹੋਂ ਦੇ ਭਾਣਜੇ ਅਮਨਦੀਪ ਸਿੰਘ, ਸ਼ਹੀਦ ਭਾਈ ਝਲਮਲ ਸਿੰਘ ਦੀ ਭਾਣਜੀ ਬੀਬੀ ਹਰਮਨਪ੍ਰੀਤ ਕੌਰ, ਸ਼ਹੀਦ ਭਾਈ ਨੱਥਾ ਸਿੰਘ ਦੇ ਨੂੰਹ ਬੀਬੀ ਰਾਜਵੀਰ ਕੌਰ, ਸ਼ਹੀਦ ਭਾਈ ਨਵਨੀਤ ਸਿੰਘ ਕਾਦੀਆਂ ਦੀ ਭਾਣਜੀ ਬੀਬੀ ਜੀਵਨ ਕੌਰ। ਸਾਰਿਆਂ ਨੂੰ ਸਿਮਰਤਾ ਸਹਿਤ ਬੇਨਤੀ ਹੈ ਕਿ ਪਲੀਜ਼ ਸਟੇਜ ਤੇ ਆ ਕੇ ਸਨਮਾਨ ਲਓ। ਜੇ ਇਸ ਤੋਂ ਉਪਰੰਤ ਕਿਸੇ ਦਾ ਵੀ ਨਾਂ ਵਿਸਰ ਗਿਆ ਹੋਵੇ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਦਰਸ਼ਨ ਸਿੰਘ ਜੀ ਅਤਰੀਆ ਨੂੰ ਵੀ ਬੇਨਤੀ ਹੈ ਕਿ ਉਹ ਵੀ ਪਲੀਜ਼ ਸਟੇਜ ਤੇ ਆ ਜਾਣ। ਇਸ ਤੋਂ ਉਪਰੰਤ ਆਪ ਜੀ ਨੂੰ ਪੰਥਕ ਬੁਲਾਰੇ ਦਰਸ਼ਨ ਸਿੰਘ ਅਕਰੀਆ ਦੇ ਪੁੱਤਰ ਉਹ ਵੀ ਪਲੀਜ਼ ਸਟੇਜ ਤੇ ਆ ਜਾਣ। ਭਾਈ ਗੁਰਮੀਤ ਸਿੰਘ ਜੀ, ਭਾਈ ਜੁਗਰਾਜ ਸਿੰਘ ਤੂਫਾਨ ਦੇ ਦਮਾਦ ਭਾਈ ਇੰਦਰਜੀਤ ਸਿੰਘ, ਭਾਈ ਜੁਗਰਾਜ ਸਿੰਘ ਦੇ ਦਮਾਦ ਭਾਈ ਇੰਦਰਜੀਤ ਸਿੰਘ ਜੀ ਪਲੀਜ਼ ਉਹ ਵੀ ਸਟੇਜ ਤੇ ਆ ਜਾਣ। ਭਾਈ ਜਸਵਿੰਦਰ ਸਿੰਘ ਜੱਜ ਜੌਲ ਦੇ ਬੇਟੇ ਭਾਈ ਜਰਨੈਲ ਸਿੰਘ ਪਲੀਜ਼ ਉਹ ਵੀ ਸਟੇਜ ਤੇ ਆ ਜਾਣ ਜੀ। ਜੇ ਇਸ ਤੋਂ ਉਪਰੰਤ ਕਿਸੇ ਦਾ ਵੀ ਨਾਂ ਵਿਸਰ ਗਿਆ ਹੋਵੇ ਪਲੀਜ਼ ਸਾਡੇ ਨਾਲ ਕੰਟੈਕਟ ਕਰ ਲਓ ਜੇ ਆਪ ਇੱਥੇ ਇਹਨਾਂ ਸਮਾਗਮਾਂ ਵਿੱਚ ਪਹੁੰਚੇ ਹੋ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਆਓ ਹੁਣ ਅਗਲੇ ਪ੍ਰੋਗਰਾਮ ਸਮਰਾ ਭਾਜੀ ਤੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਮੁੱਚੇ ਸ਼ਹੀਦ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਟੇਜ ਤੇ ਪਹੁੰਚ ਗਏ ਹਨ। ਔਰ 2-3 ਕਿ ਜਿਹੜੇ ਬੁਲਾਰੇ ਆਪਣੇ ਪਾਸ ਜਿਹੜੇ ਕਰੀਬਨ ਆਪਣੇ ਪਾਸ ਹੁਣ ਰਹਿੰਦੇ ਆ, ਮੈਂ ਸਿਰਫ 2 ਮਿੰਟ ਵਾਸਤੇ ਪ੍ਰਭਜੋਤ ਸਿੰਘ ਕੈਨੇਡਾ ਵਾਲੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਦੇ ਲਾਗੇ ਆ ਜਾਣ। ਭਾਈ ਧੰਨਾ ਸਿੰਘ ਜੀ ਪੰਥਕ ਕਮੇਟੀ ਦੇ ਜਿਹੜੇ ਮੈਂਬਰ ਰਹੇ ਉਹ ਸਿਰਫ ਤੇ ਸਿਰਫ ਸੰਗਤਾਂ ਦੇ ਇੱਕ ਦਰਸ਼ਨ ਕਰਨਗੇ। ਇਹਨਾਂ ਦੀ ਵੀ ਬਹੁਤ ਵੱਡੀ ਕੁਰਬਾਨੀ ਹੈ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਸਿਰਫ ਸ਼ਾਰਟਕਟ ਜਿਹੜਾ ਹੈ ਸੰਗਤ ਦੇ ਦਰਸ਼ਨ ਹੀ ਕਰਨੇ ਆ, ਉਹ ਤੋਂ ਉਪਰੰਤ ਜਿਹੜਾ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ। ਭਾਈ ਧੰਨਾ ਸਿੰਘ ਜੀ ਪੰਥਕ ਕਮੇਟੀ ਦੇ ਜਿਹੜੇ ਮੈਂਬਰ। ਵਾਹਿਗੁਰੂ ਜ਼ਿੰਦਾਬਾਦ। ਸਮੁੱਚੇ ਸ਼ਹੀਦ ਸਿੰਘਾਂ ਦੇ ਵਾਰਸ ਸੰਗਤ ਰੂਪ ਵਿੱਚ ਸਜੇ ਹੋਏ ਸਤਿਗੁਰੂ ਗਿਰਵਾਂ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਸਾਰਿਆਂ ਨੂੰ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ ਜਿੰਨੇ ਵੀ ਸਿੰਘ ਪੁਰਾਤਨ ਸ਼ਹੀਦ ਹੋਏ ਸਾਰੇ ਅਸੀਂ ਬਹੁਤ ਇਕੱਠੇ ਹੋ ਕੇ ਤੇ ਪਿਆਰ ਨਾਲ ਜਦੋਂ ਛੋਟੀ ਉਮਰ 'ਚ ਅਸੀਂ ਹੀ ਰਹੇ। ਛੋਟਾ ਆਪਣਾ ਆਇਆ ਭਾਈ ਲਾਭ ਸਿੰਘ ਦਾ ਭਜੰਗੀ, ਇਹਨੂੰ ਦੱਸਿਆ ਜਿੱਦਣ ਉਹਨੂੰ ਕਚਹਿਰੀਆਂ 'ਚੋਂ ਲਿਆਂਦਾ ਸੀ। ਤੇ ਮੇਰੇ ਸਤਿਕਾਰਯੋਗ ਭਾਈ ਮਹਿਲ ਸਿੰਘ, ਸੁਖਦੇਵ ਸੋਹਣੀ, ਸੁਲੱਖਣ ਸੋਹਣੀ ਬਹੁਤ ਪਿਆਰ ਨਾਲ ਰਹੇ। ਇਹਨਾਂ ਸਾਰੇ ਸਿੰਘਾਂ ਦੀਆਂ ਕੁਰਬਾਨੀਆਂ ਲਈ ਸਾਨੂੰ ਰੋਮ ਕਰਕੇ ਇਹਨਾਂ ਨੂੰ ਨਮਸਕਾਰ। ਇੱਕ ਬੇਨਤੀ ਕਰਨੀ ਹੈ, ਵੈਸਟ ਸੈਕਰਾਮੈਂਟੋ ਦੇ
ਜੋ ਵੈ ਸੈਕਰਾਮੈਂਟੋ ਦੀ ਸੰਗਤ ਉਹਦਾ ਗੁਰੂ ਘਰ ਆ ਹਮੇਸ਼ਾ ਸ਼ਹੀਦਾਂ ਵਾਸਤੇ ਸਮਰਪਿਤ ਆ। ਅਸੀਂ ਹਮੇਸ਼ਾ ਸ਼ਹੀਦਾਂ ਵਾਸਤੇ ਆਵਾਜ਼ ਬੁਲੰਦ ਕਰਦੇ ਰਵਾਂਗੇ ਜਿੰਨੇ ਚਿਰ ਸਾਡੇ ਸਵਾਸ ਆ, ਉਹਨਾਂ ਨੂੰ ਯਾਦ ਕਰਦੇ ਰਵਾਂਗੇ। ਅਸੀਂ ਇਸ ਜਿਹੜੀ ਜੰਗ ਦਾ ਐਲਾਨ ਕੀਤਾ ਹੈ ਇਸ ਜੰਗ ਨੂੰ ਅੱਗੇ ਤਾਈਂ ਵਧਾਉਂਦੇ ਰਵਾਂਗੇ। ਜਿਹੜਾ ਇੱਕ ਇੱਕ ਸਿੰਘ ਪ੍ਰਾਣੀ ਇੱਥੇ ਆਇਆ ਸੰਗਤ ਰੂਪ ਵਿੱਚ, ਮੈਂ ਉਹਨਾਂ ਦਾ ਰੋਮ ਰੋਮ ਕਰਕੇ ਜੀ ਆਇਆਂ ਤੇ ਧੰਨਵਾਦ ਕਰਦਾ। ਸਾਰੇ ਪ੍ਰੋਗਰਾਮ ਦਾ ਇਹਨਾਂ ਪ੍ਰਬੰਧਕਾਂ ਦਾ ਰੋਮ ਰੋਮ ਕਰਕੇ ਧੰਨਵਾਦ। ਸਿਰਫ ਮੈਂ ਹਾਜ਼ਰੀ ਲਵਾਉਣੀ ਸੀ। ਤੁਸੀਂ ਸੀਸ ਦਿਓ, ਗੁਰੂ ਸੱਚੇ ਪਾਤਸ਼ਾਹ ਸਿੱਖੀ ਬਖਸ਼ਣ, ਇਹਨਾਂ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ। ਇੰਨੀਆਂ ਬੇਨਤੀਆਂ ਮੇਰੀਆਂ ਪ੍ਰਵਾਨ ਹੋ ਕੇ ਸਿੰਘਾਂ ਦਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਧੰਨਾ ਸਿੰਘ ਜੀ ਦਾ, ਜਿਨ੍ਹਾਂ ਨੇ ਬੇਨਤੀ ਨੂੰ ਕਬੂਲ ਕੀਤਾ। ਹੁਣ ਮੈਂ ਬੇਨਤੀ ਕਰਾਂਗਾ ਅਟਰਨੀ ਪ੍ਰਭਜੋਤ ਸਿੰਘ ਕੈਨੇਡਾ, ਜਿਨ੍ਹਾਂ ਨੇ ਗੁਰੂ ਪਿਆਰਿਓ ਕੈਨੇਡਾ ਦਾ ਇਤਿਹਾਸ ਚੇਂਜ ਕਰ ਦਿੱਤਾ। ਜਦੋਂ ਉਹ ਅਟਰਨੀ ਬਣੇ, ਜਦੋਂ ਉਹਨਾਂ ਨੇ ਓਥ ਚੱਕਣੀ ਸੀ, ਸਹੁੰ ਚੱਕਣੀ ਸੀ, ਕੈਨੇਡਾ ਦਾ ਇੱਕ ਅਸੂਲ ਹੈ ਜਿੱਦਾਂ ਇੱਥੇ ਆਪਾਂ ਜਿਹੜਾ ਜਦੋਂ ਲਾ ਕਰਦੇ ਆ ਤੁਹਾਨੂੰ ਟੈਸਟ ਪਾਸ ਕਰਨਾ ਪੈਂਦਾ, ਉਸ ਤੋਂ ਬਾਅਦ ਜਿਹੜੀ ਸਹੁੰ ਚੱਕਣੀ ਪੈਂਦੀ ਆ ਕੋਰਟ ਵਿੱਚ ਜਾ ਕੇ, ਉੱਥੇ ਉਹ ਰਾਜੇ ਦੀ ਜੋ ਇੱਕ ਸਹੁੰ ਹੈ ਉਹ ਚੱਕਣੀ ਪੈਂਦੀ। ਪਰ ਇਹ ਸਾਡੇ ਵੀਰ ਨੇ ਪ੍ਰਭਜੋਤ ਸਿੰਘ ਨੇ 200 ਸਾਲ ਦਾ ਜਿਹੜਾ ਇਤਿਹਾਸ ਹੈ ਕੈਨੇਡਾ ਦਾ ਉਹ ਚੇਂਜ ਕਰ ਦਿੱਤਾ। ਕਹਿੰਦਾ ਮੈਂ ਜਿਹੜੇ ਆ ਸਹੁੰ ਸਿਰਫ ਅਤੇ ਸਿਰਫ ਆਪਣੇ ਗੁਰੂ ਸਾਹਿਬ ਦੀ ਚੱਕ ਸਕਦਾ, ਮੈਂ ਕਿਸੇ ਰਾਜੇ ਮਹਾਰਾਜ ਦੀ ਕਿਸੇ ਦੀ ਸਹੁੰ ਜਿਹੜੀ ਹੈ ਉਹ ਨਹੀਂ ਚੱਕਣੀ। ਕੁਰਬਾਨ ਜਾਈਏ ਨਾ ਬਹਾਦਰ ਸਾਡੇ ਬੱਚਿਆਂ ਦੇ ਜਿਹੜੇ ਲੀਹਾਂ ਪਾ ਰਹੇ ਆ ਇਸ ਧਰਤੀ 'ਤੇ ਰਹਿ ਕੇ, ਔਰ ਨਵਾਂ ਜਿਹੜਾ ਇਤਿਹਾਸ ਹੈ ਉਹ ਸਿਰਜ ਰਹੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਸਿਰਫ 5-7 ਮਿੰਟ ਵਾਸਤੇ ਉਹ ਸੰਗਤਾਂ ਦੇ ਰੂਬਰੂ ਹੋਣਗੇ। ਅਟਰਨੀ ਪ੍ਰਭਜੋਤ ਸਿੰਘ ਜੀ ਕੈਨੇਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਨਿੱਘ ਮਾਣ ਰਹੇ। ਗੁਰੂ ਖਾਲਸਾ ਜੀ ਉਹ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਇਕੱਤਰ ਹੋਏ, ਉੱਥੇ ਨਾਲ ਹੀ ਜੋ 1984 ਤੋਂ ਉਪਰੰਤ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਚੱਲ ਰਹੇ ਸੰਘਰਸ਼ ਦੇ ਅਜੋਕੇ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਆਪਾਂ ਇਕੱਤਰ ਹੋਏ ਹਾਂ। ਕਿਉਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਵੀ ਮਹਾਰਾਜ ਨੇ ਤੁਰ ਉੱਠ ਕੇ ਗੁਰੂ ਖਾਲਸਾ ਪੰਥ ਦੀ ਝੋਲੀ ਦੇ ਵਿੱਚ ਕੁਝ ਸ਼ਹੀਦ ਪੰਥ ਨੂੰ ਬਖਸ਼ਿਸ਼ ਕੀਤੇ ਹੈਗੇ ਆ। ਜਥੇਦਾਰ ਹਰਮੀਤ ਸਿੰਘ PhD, ਜਥੇਦਾਰ ਪਰਮਜੀਤ ਸਿੰਘ ਜੀ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ, ਭਾਈ ਜਗਰੂਪ ਸਿੰਘ ਪੰਜਵੜ, ਇਹ ਉਹ ਸਿੰਘ ਹੈਗੇ ਆ ਜਿਨ੍ਹਾਂ ਨੇ ਇਸ ਦੁਨੀਆ ਤੇ ਧਰਤੀ ਤੇ ਗਵਾਹੀ ਦਿੱਤੀ ਹੈਗੀ ਆ ਵੀ ਖਾਲਸਾ ਅਜੇ ਜਿਉਂਦਾ ਜਾਗਦਾ ਆ। ਖਾਲਿਸਤਾਨ ਦੀ ਸਥਾਪਤੀ ਵਾਸਤੇ ਜੰਗ ਜਾਰੀ ਆ ਤੇ ਜੰਗ ਜਾਰੀ ਰਹੇਗੀ। ਤੇ ਜਿੱਥੇ ਆਪਾਂ ਇਹਨਾਂ ਸਮਾਗਮਾਂ ਦੇ ਵਿੱਚ ਇਹਨਾਂ ਸ਼ਹੀਦਾਂ ਦੇ ਸਿਦਕ ਨੂੰ, ਸਿਰੜ ਨੂੰ, ਉਹਨਾਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਵਾਸਤੇ ਆਪਾਂ ਇਕੱਤਰ ਹੁੰਨੇ ਆ, ਉੱਥੇ ਹੀ ਆਪਾਂ ਭਵਿੱਖ ਦੀ ਸੇਧ ਲੈਣ ਵਾਸਤੇ ਵੀ ਆਪਾਂ ਇਕੱਤਰ ਹੁੰਨੇ ਆ। ਕਿਉਂਕਿ ਜਿਹੜੇ ਆਪਣੇ ਸ਼ਹੀਦ ਹੈਗੇ ਆ ਉਹ ਸਾਨੂੰ ਪ੍ਰਤੱਖ ਰੂਪ ਦੇ ਵਿੱਚ ਦਰਸਾਉਂਦੇ ਹੈਗੇ ਵੀ ਗੁਰੂ ਖਾਲਸਾ ਪੰਥ ਦਾ ਇਸ ਧਰਤੀ ਉੱਪਰ ਅਮਲ ਕਿਸ ਤਰੀਕੇ ਦਾ ਹੋਣਾ ਚਾਹੀਦਾ। ਤੇ ਨਾਲ ਜਿਹੜੀ ਇੱਕ ਅਹਿਮ ਗੱਲ ਹੈਗੀ ਹੈ ਸਾਡੀ ਸਮਝਣ ਵਾਸਤੇ, ਨਾਲ ਸਾਨੂੰ ਸ਼ਹੀਦਾਂ ਦਾ ਇਸ ਦੁਨੀਆ ਨੂੰ, ਆਪਣੇ ਸੰਘਰਸ਼ ਨੂੰ, ਆਪਣੇ ਨਿਸ਼ਾਨੇ ਨੂੰ, ਸੰਘਰਸ਼ੀਲ ਅਮਲ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਹੈਗਾ ਉਸ ਨੂੰ ਵੀ ਸਮਝਣ ਦੀ ਲੋੜ ਆ ਸਾਨੂੰ। 1978 ਦੇ ਵਿੱਚ ਜਦੋਂ 13 ਸਿੰਘ ਸ਼ਹੀਦ ਹੋਏ ਸੀਗੇ ਤੇ ਕੁਝ ਦਿਨ ਬਾਅਦ ਜਦੋਂ ਉਹਨਾਂ ਦੇ ਸੰਸਕਾਰ ਕੀਤੇ ਗਏ ਸੀਗੇ ਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਉਹਨਾਂ ਨੇ ਆਪਣੇ ਮਨ ਦੇ ਵੱਲ ਕੁਝ ਸਾਂਝੇ ਕੀਤੇ ਸੀ। ਉਹਨਾਂ 13 ਸਿੰਘਾਂ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਸੰਗਤ ਨੂੰ ਇਹ ਗੱਲ ਆਖੀ ਸੀਗੀ ਵੀ ਅੱਜ ਇਹ ਜਿਉਂਦਿਆਂ 'ਚ ਹੋਇਆ, ਆਪਾਂ ਹਜੇ ਮਰਿਆਂ 'ਚ।
ਨਾਲ ਉਹਨਾਂ ਨੇ ਸਾਨੂੰ ਇਹ ਗੱਲ ਵੀ ਆਖੀ ਹੈਗੀ ਆ ਵੀ ਜਿਹੜੀ ਗੁਰੂ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਭ ਤੋਂ ਵੱਡੀ, ਸਭ ਤੋਂ ਮਹਾਨ ਦਾਤ ਸ਼ਹਾਦਤ ਦੀ ਜਿਹੜੀ ਰੱਖੀ ਹੈਗੀ ਆ, ਇਹਨਾਂ ਸ਼ਹੀਦਾਂ ਨੇ ਸਾਨੂੰ ਯਾਦ ਕਰਾਇਆ, ਸੰਦੇਸ਼ ਦਿੱਤਾ ਵੀ ਉਸ ਦਾਤ ਨੂੰ, ਉਸ ਬਖਸ਼ਿਸ਼ ਨੂੰ ਪ੍ਰਾਪਤ ਕਰਨ ਵਾਸਤੇ ਦਰਵਾਜ਼ਾ ਸਾਡਾ ਖੁੱਲ੍ਹਾ ਆ। ਜਿਹੜਾ ਕੋਈ ਵੀ ਬੰਦਾ ਦੁਨੀਆਦਾਰੀ ਦੇ ਵਿੱਚ ਗੁੜਚ ਹੋਵੇ, ਉਹ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਦੁਨੀਆ ਦੇ ਹਿਸਾਬ ਨਾਲ ਹੀ ਹੋਵੇ, ਉਹਨੂੰ ਸੰਤਾਂ ਦੇ ਜਿਹੜੇ ਬਚਨ ਹੈਗੇ ਆ ਉਹ ਬਿਲਕੁਲ ਸਮਝ ਨਹੀਂ ਆ ਸਕਦੇ ਵੀ ਜਿਹੜੇ 13 ਲਾਸ਼ਾਂ ਦਾ ਹੁਣੇ ਸੰਗਤ ਸੰਸਕਾਰ ਕਰਕੇ ਹਟੀਆਂ ਵੀ ਉਹ ਜਿਉਂਦਿਆਂ 'ਚ ਕਿਵੇਂ ਹੋ ਸਕਦੇ ਆ। ਇਹ ਗੱਲ ਹੈਗੀ ਹੈ ਵੀ ਜੋ ਆਪਣੇ ਗੁਰੂ ਖਾਲਸਾ ਦਾ, ਆਪਣੇ ਸ਼ਹੀਦਾਂ ਦੇ ਜਿਹੜਾ ਦੁਨੀਆ ਨੂੰ, ਜ਼ਿੰਦਗੀ ਤੇ ਮੌਤ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਬਿਲਕੁਲ ਵਿਲੱਖਣ ਆ। ਸਿੱਖ ਵਾਸਤੇ ਆਪਣੀ ਮੌਤ ਕਬੂਲ ਕਰਕੇ ਉਸ ਤੋਂ ਆਪਣਾ ਜੀਵਨ ਸ਼ੁਰੂ ਹੁੰਦਾ। ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਣਕਾਂ ਤਾਂ ਆਓ ਹਮਾਰੇ ਪਾਸ, ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਮੇਨ ਗੱਲ ਹੈਗੀ ਆ ਵੀ ਜਦੋਂ ਆਪਾਂ 1984 ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ, ਆਪਣੇ ਸ਼ਹੀਦਾਂ ਦੇ ਅਮਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ, ਤੇ ਆਪਣੇ ਗੁਰੂ ਖਾਲਸਾ ਪੰਥ ਦੇ ਭਵਿੱਖ ਦੇ ਰਾਹ ਦੀ ਆਪਾਂ ਗੱਲ ਕਰਨੀ ਹੈਗੀ ਆ, ਇਹ ਜ਼ਰੂਰੀ ਆ ਵੀ ਜਿਹੜਾ ਆਪਣਾ ਨਜ਼ਰੀਆ ਹੈਗਾ ਉਹ ਗੁਰੂ ਵਾਲਾ, ਗੁਰੂ ਗ੍ਰੰਥ, ਗੁਰੂ ਪੰਥ ਵਾਲਾ ਹੋਵੇ, ਨਾ ਕਿ ਦੁਨੀਆ ਦਾ। ਆਪਣੇ ਇਤਿਹਾਸ ਦੀ ਵਿਆਖਿਆ ਤੇ ਭਵਿੱਖ ਦੀ ਰਣਨੀਤੀ ਇਸ ਤਰੀਕੇ ਨਾਲ ਹੀ ਤੈਅ ਹੋ ਸਕਦੀ। ਸੋ 1984 ਤੋਂ ਬਾਅਦ ਤਕਰੀਬਨ 1.5 ਸਾਲ ਬਾਅਦ ਅਤ ਕਠਿਨ ਸਮਿਆਂ ਦੇ ਵਿੱਚ, ਹਾਲਾਤਾਂ ਦੇ ਵਿੱਚ, ਉਸੇ ਅਸਥਾਨ ਤੇ ਜਿੱਥੇ ਇੰਡੀਅਨ ਸਰਕਾਰ ਨੇ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ ਸੀਗਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੂੰ ਸ਼ਹੀਦ ਕੀਤਾ ਸੀਗਾ, ਜਿਨ੍ਹਾਂ ਦਾ ਭੁਲੇਖਾ ਸਰਕਾਰ ਨੂੰ ਸੀਗਾ ਵੀ ਆਪਾਂ ਸਿੱਖਾਂ ਦਾ ਲੱਕ ਤੋੜ ਦਿੱਤਾ। ਉਸੇ ਹੀ ਅਸਥਾਨ ਤੇ ਤਕਰੀਬਨ 1.5 ਸਾਲ ਬਾਅਦ ਗੁਰੂ ਖਾਲਸਾ ਪੰਥ ਇਕੱਠਾ ਹੋਇਆ ਤੇ 1986 ਦੇ ਵਿੱਚ ਸਰਬੱਤ ਖਾਲਸਾ ਉੱਥੇ ਸੱਦਿਆ ਗਿਆ ਤੇ ਆਪਣਾ ਵਰਤਮਾਨ ਚੱਲ ਰਿਹਾ ਸੰਘਰਸ਼ ਦਾ ਉੱਥੇ ਮੁੱਢ ਵੱਜਾ। ਤੇ ਉਸੇ ਦਿਨ ਸਰਬੱਤ ਖਾਲਸੇ ਦੇ ਗੁਰਮਤਿਆਂ ਦੇ ਵਿੱਚ ਕੁਝ 17 ਮੈਂ ਸਾਂਝੀਆਂ ਕਰਨਾ ਚਾਹੁੰਦਾ, ਕਿਉਂਕਿ ਇਹ ਜਿਹੜੀਆਂ 17 ਹੈਗੀਆਂ, ਇਹ ਜੋ ਆਪਣੇ ਸ਼ਹੀਦਾਂ ਦੇ ਜਿਹੜੇ ਵਾਰਸਾਂ ਨੇ ਸਾਨੂੰ ਸਾਡੇ ਵਾਸਤੇ ਉਪਦੇਸ਼ ਦਿੱਤਾ, ਸਿੱਖਿਆ ਦਿੱਤੀ ਹੈਗੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਔਕੜਾਂ, ਮੁਸ਼ਕਲਾਂ ਦਾ, ਜ਼ੁਲਮ ਦਾ, ਹਾਕਮਾਂ ਦਾ ਆਪਾਂ ਮੁਕਾਬਲਾ ਕਿਸ ਤਰੀਕੇ ਨਾਲ ਕਰਨਾ। ਸਰਬੱਤ ਖਾਲਸੇ ਦੇ ਗੁਰਮਤਿਆਂ 'ਚ ਲਿਖਿਆ ਵੀ ਇਹ ਸਮਾਗਮ ਇੱਕ ਵਾਰ ਫਿਰ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਇੱਕ ਓੰਕਾਰ ਸਤਨਾਮ ਦੇ ਧਾਰਨੀ ਸਿੱਖਾਂ ਦਾ ਧਰਮ, ਰਾਜਨੀਤੀ ਤੇ ਗੁਰਧਾਮ ਅਨਿਖੜ ਹਨ ਤੇ ਇਹ ਉਹਨਾਂ ਦੀ ਵਰਤੋਂ ਪੰਥਕ ਨਵ ਉਸਾਰੀ ਲਈ ਕਰਦੇ ਹੀ ਰਹਿਣਗੇ ਅਤੇ ਸਿੱਖ ਆਪਣਾ ਸ਼ਾਸਤਰਧਾਰੀ ਹੋਣ ਦਾ ਹੱਕ ਤੇ ਗੁਰਧਾਮਾਂ ਵਿੱਚ ਸ਼ਾਸਤਰਾਂ ਤੇ ਪਾਬੰਦੀ ਨੂੰ ਪ੍ਰਵਾਨ ਨਹੀਂ ਕਰਦੇ। ਸੋ ਇਹਨਾਂ ਚੰਦ 17 ਦੇ ਵਿੱਚ ਸਾਨੂੰ ਸੇਧ ਬਹੁਤ ਸਪਸ਼ਟ ਮਿਲਦੀ ਹੈਗੀ ਆ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਿੱਖਾਂ ਦਾ ਸੰਘਰਸ਼ ਆ, ਉਹਦੇ 4 ਥੰਮ ਜਿਹੜੇ ਹੈਗੇ ਸਾਨੂੰ ਯਾਦ ਰੱਖਣ ਦੀ ਲੋੜ ਹੈਗੀ ਆ। ਧਰਮ, ਰਾਜਨੀਤੀ, ਆਪਣੇ ਗੁਰਧਾਮ ਤੇ ਸ਼ਾਸਤਰ ਜਿਹੜੇ ਗੁਰੂ ਵੱਲੋਂ ਬਖਸ਼ੇ ਆ। ਜਿਹੜੀ ਸਿੱਖਾਂ ਦੀ, ਸਿੱਖ ਸੰਘਰਸ਼ ਦੀ ਜਿਹੜੀ ਬੁਨਿਆਦੀ ਗੱਲ ਹੈਗੀ ਉਹ ਧਰਮ ਦੀ ਹੈਗੀ ਆ, ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਆਪਣੇ ਸੰਘਰਸ਼ ਦੇ ਸਿਧਾਂਤ ਨੂੰ, ਆਪਣੇ ਸੰਕਲਪ ਨੂੰ ਵੀ ਧੁੰਦਲਾ ਕੀਤਾ ਜਾ ਰਿਹਾ ਵੀ ਇਹ ਸਿਰਫ ਕੋਈ ਰਾਜਸੀ ਲੜਾਈ ਹੈਗੀ ਆ, ਜਿਹੜੀ ਬਿਲਕੁਲ ਗੱਲ ਸਹੀ ਨਹੀਂ। ਮਹਾਰਾਜ ਦਾ ਫਰਮਾਨ ਆ, ਤਨ ਜਿਉ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਜਿਹੜਾ ਗੁਰੂ ਦਾ ਸਿੱਖ ਆ, ਉਹਦੀ ਸੰਪੂਰਨਤਾ ਉਦੋਂ ਹੀ ਹੁੰਦੀ ਆ ਜਦੋਂ ਉਹਦੇ ਰਸਨਾ ਤੇ ਮਹਾਰਾਜ ਦਾ ਨਾਮ ਹੋਵੇ, ਹਿਰਦੇ ਵਿੱਚ ਸਿਮਰਨ ਹੋਵੇ ਤੇ ਨਾਲ ਚਿੱਤ ਦੇ ਵਿੱਚ ਜੁੱਧ ਦੀ ਵਿਚਾਰ, ਜੁੱਧ ਦਾ ਧਿਆਨ, ਜੁੱਧ ਵਾਸਤੇ ਚਾਹ ਹੋਵੇ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਇਹ ਸਾਡੀ ਧਰਮ ਦੀ ਬੁਨਿਆਦ ਆ। ਤੇ ਜਦੋਂ ਗੁਰੂ ਖਾਲਸਾ ਨਾਮ ਬਾਣੀ ਦਾ ਅਭਿਆਸ ਕਰਦਾ, ਉਹ ਆਪਣਾ ਸੰਘਰਸ਼ ਦਾ ਹਿੱਸਾ ਆ। ਇਹ ਕੋਈ ਵੱਖਰਾ ਅਭਿਆਸ ਨਹੀਂ ਹੈਗਾ, ਕੋਈ ਵੱਖਰਾ ਕਰਮ ਨਹੀਂ।
ਜਦੋਂ ਗੁਰੂ ਦਾ ਸਿੱਖ ਨਾਮ ਬਾਣੀ ਦਾ ਅਭਿਆਸ ਕਰਕੇ ਆਪਣਾ ਆਪ ਦਾ ਮਨ ਨੂੰ ਸੋਧਦਾ ਆ, ਉਸ ਤੋਂ ਬਾਅਦ ਹੀ ਦੁਸ਼ਟਾਂ ਦੇ ਆਹੂ ਲਾ ਕੇ ਦੁਸ਼ਟਾਂ ਨੂੰ ਵੀ ਸੋਧਦਾ ਆ। ਨਾਮ ਬਾਣੀ ਦਾ ਅਭਿਆਸ ਤੇ ਜੰਗ ਦੇ ਮੈਦਾਨ ਦੇ ਵਿੱਚ ਨਿਤਰਨਾ, ਦੁਸ਼ਟਾਂ ਦੇ ਆਹੂ ਲਾਉਣੇ ਆ, ਇੱਕੋ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਖਾਲਸੇ ਵਾਸਤੇ। ਤੇ ਇਸੇ ਗੱਲ ਵਿੱਚੋਂ, ਇਸੇ ਧਰਮ ਵਿੱਚੋਂ, ਇਸ ਸੰਕਲਪ ਵਿੱਚੋਂ ਸਿੱਖਾਂ ਦੀ ਰਾਜਨੀਤੀ, ਸਿੱਖਾਂ ਦਾ ਸੰਘਰਸ਼ ਨਿਕਲਦਾ ਆ। ਇਹ ਕੋਈ ਆਪਣੇ ਸੱਭਿਆਚਾਰਕ ਫਿਰਕੇ ਨੂੰ ਬਚਾਉਣ ਖਾਤਰ ਕਿਸੇ ਦੁਸ਼ਟ ਵੱਲੋਂ ਕੀਤੇ ਵਿਤਕਰੇ ਜਾਂ ਹਿੰਸਾ ਦੇ ਰੰਜ ਵਿੱਚੋਂ ਜਾਂ ਰਾਜ ਦੇ ਕਿਸੇ ਲਾਲਚ ਵਿੱਚੋਂ ਆਪਣਾ ਸੰਘਰਸ਼ ਨਿਕਲਿਆ ਨਹੀਂ ਹੈਗਾ। ਇਹ ਆਪਣਾ ਧਰਮ ਤੋਂ, ਗੁਰੂ ਪਾਤਸ਼ਾਹ ਦੇ ਚਰਨਾਂ ਦੇ ਨਾਲ ਪ੍ਰੀਤ ਵਿੱਚੋਂ ਇਹ ਉਪਜਿਆ ਸੰਘਰਸ਼। ਇਸ ਗੱਲ ਨੂੰ ਸਪਸ਼ਟ ਕਰਦੇ ਆ, ਆਪਣੀ ਸ਼ਹਾਦਤ ਤੋਂ ਕੁਝ ਦਿਨ ਪਹਿਲਾਂ, ਕੁਝ ਸਮੇਂ ਪਹਿਲਾਂ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਆਪਣੇ ਘਰਦਿਆਂ ਨੂੰ, ਆਪਣੇ ਪਰਿਵਾਰ ਨੂੰ ਇੱਕ ਖੱਤ ਲਿਖਿਆ, ਜਿਹਦੇ ਵਿੱਚ ਉਹ ਲਿਖਦੇ ਆ ਵੀ ਖਾਲਿਸਤਾਨ ਦਾ ਸੰਘਰਸ਼ ਕੋਈ ਨਿਰਾ ਸਿਆਸੀ ਅਤੇ ਦੁਨਿਆਵੀ ਕਦਰਾਂ ਕੀਮਤਾਂ ਦਾ ਰਿਣੀ ਨਹੀਂ ਹੈਗਾ, ਸਗੋਂ ਇਸ ਦਾ ਸਹੀ ਅਰਥ ਧਰਮ ਯੁੱਧ ਹੈ। ਅਸੀਂ ਧਰਮ ਵਿੱਚ ਰੰਗ ਰੱਤ ਕੇ ਹੀ ਮੈਦਾਨੇ ਜੰਗ ਵਿੱਚ ਜਾਣਾ ਹੈ ਅਤੇ ਸਾਨੂੰ ਟੇਕ ਸਿਰਫ ਅਕਾਲ ਪੁਰਖ ਦੀ ਹੈ। ਇਹ ਬਿਲਕੁਲ ਸਪਸ਼ਟ ਭਾਈ ਸਾਹਿਬ ਦੇ, ਭਾਈ ਹਰਜਿੰਦਰ ਸਿੰਘ ਜਿੰਦਿਆ ਦੇ ਸ਼ਬਦ ਸਾਨੂੰ ਦੱਸਦੇ ਆ ਵੀ ਇਹ ਜਿਹੜੀ ਲੜਾਈ ਆਪਣੀ ਹੈਗੀ ਆ ਖਾਲਿਸਤਾਨ ਦੀ ਸਥਾਪਤੀ ਵਾਸਤੇ, ਇਹ ਧਰਮ ਦਾ ਕਰਮ ਆ, ਧਰਮ ਵਿੱਚੋਂ ਨਿਕਲਿਆ ਹੋਇਆ ਸੰਘਰਸ਼। ਤੇ ਜਦੋਂ ਆਪਾਂ ਆਪਣੇ ਆਦਰਸ਼ਾਂ ਦੀ, ਸੰਕਲਪਾਂ ਦੀ ਗੱਲ ਕਰ ਲਈਏ, ਫਿਰ ਉਸ ਤੋਂ ਅਗਲਾ ਹੈਗਾ ਵੀ ਆਪਾਂ ਇਹਨਾਂ ਨੂੰ ਲਾਗੂ ਕਿਸ ਤਰੀਕੇ ਨਾਲ ਕਰਨਾ, ਖਾਲਸੇ ਦੀ ਤਾਕਤ ਕਿਸ ਤਰੀਕੇ ਨਾਲ ਉਸਾਰੀ ਜਾਂਦੀ ਆ। ਤੇ ਉਹ ਵੀ ਸਰਬੱਤ ਖਾਲਸੇ ਦੇ ਗੁਰਮਤਿਆਂ 'ਚ ਜਿਹੜੀ ਉਹ ਗੁਰਧਾਮਾਂ ਵਾਲੀ ਗੱਲ ਹੈਗੀ, ਉਹਦੇ ਵਿੱਚ ਸਪਸ਼ਟ ਆ। ਸਾਡੇ ਵਾਸਤੇ ਜਿਹੜੇ ਆਪਣੇ ਗੁਰਦੁਆਰੇ ਸਾਹਿਬਾਨ ਹੈਗੇ, ਆਪਣੇ ਗੁਰਧਾਮ ਆ, ਉਹ ਪੂਜਾ ਦੇ ਕੇਂਦਰ ਨਹੀਂ ਹੈਗੇ, ਉਹ ਰਾਜ ਦੇ ਕਿਲੇ ਆ। ਜਦੋਂ ਆਪਾਂ ਇਤਿਹਾਸ ਨੂੰ ਵਾਚਦੇ ਆ, ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਆ, ਤਾਂ ਇਤਿਹਾਸਕਾਰ ਲਿਖਦੇ ਆ ਵੀ ਉਹ ਕਿਸੇ ਨਿੱਜੀ ਵੈਰ ਵਿਰੋਧ ਕਰਕੇ ਜਾਂ ਸੱਭਿਆਚਾਰਕ ਫਿਰਕਿਆਂ ਦੇ ਟਕਰਾਅ ਕਰਕੇ ਸ਼ਹਾਦਤ ਨਹੀਂ ਹੋਈ। ਸ਼ਹਾਦਤ ਤਾਂ ਹੋਈ ਸੀਗੀ ਕਿਉਂਕਿ ਗੁਰੂ ਪਾਤਸ਼ਾਹ, ਜਿਹੜਾ ਗੁਰੂ ਦਾ ਦਰਬਾਰ ਸੀਗਾ, ਉਹ ਸਟੇਟ ਵਿਥਿਨ ਅ ਸਟੇਟ ਦਾ ਰੂਪ ਲੈ ਰਿਹਾ ਸੀ। ਜਿਹੜਾ ਆਪਣਾ ਗੁਰੂ ਦਰਬਾਰ ਸੀ, ਉਹਦੀ ਰਾਜ ਸੀ ਸ਼ਕਤੀ ਦੀ ਉਭਾਰ ਕੀਤਾ ਜਾ ਰਿਹਾ ਸੀਗਾ, ਜਿਹਦੇ ਨਾਲ ਮੁਗਲ ਸਲਤਨਤ ਦੇ ਨਾਲ ਆਪਣਾ ਟਕਰਾਅ ਹੋ ਰਿਹਾ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮਿਆਂ ਦੇ ਵਿੱਚ, ਜਦੋਂ ਜੰਗਾਂ ਯੁੱਧਾਂ ਦਾ ਸਮਾਂ ਆਇਆ, ਜਦੋਂ ਪਹਾੜੀ ਰਾਜੇ ਦੇ ਨਾਲ ਜਦੋਂ ਲੜਾਈ ਹੋਣੀ ਸੀਗੀ, ਤਾਂ ਪਹਾੜੀ ਰਾਜੇ ਦਾ ਗਿਲਾ ਸ਼ਿਕਵਾ ਇਹੀ ਸੀ। ਕਵੀ ਸੈਨਾਪਤ ਸ੍ਰੀ ਗੁਰਸੋਭਾ ਦੇ ਵਿੱਚ ਉਹ ਲਿਖਦੇ ਆ ਵੀ ਉਹਨਾਂ ਦੀ ਜਿਹੜੀ ਗਿਲਾ ਸ਼ਿਕਵਾ ਸੀਗਾ, ਜਾਂ ਜਿਹੜਾ ਉਹਨਾਂ ਦੀ ਗੱਲ ਸੀ, ਇਹ ਸੀ, ਹਮਰਾ ਰਾਜ ਅਕਾਰਥ ਗਇਓ, ਸਤਿਗੁਰ ਰਾਜ ਚਹੁ ਦਿਸ਼ ਪਇਓ। ਵੀ ਜਿਹੜਾ ਗੁਰੂ ਪਾਤਸ਼ਾਹ ਦਾ ਆਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਦਰਬਾਰ ਸੀ, ਉਹਦੀ ਰਾਜ ਸੀ ਤਾਕਤ ਜਿਹੜੀ ਸੀਗੀ, ਉਹ ਜਿਹਦਾ ਫਲਾਹ ਹੋ ਰਿਹਾ ਸੀਗਾ, ਜਿਹਦਾ ਵਿਸਥਾਰ ਹੋ ਰਿਹਾ ਸੀਗਾ, ਉਹਦੇ ਕਰਕੇ ਜਿਹੜੇ ਕੂੜ ਦੇ ਤਾਕਤ ਸੀਗੇ, ਉਹ ਬਿਲਕੁਲ ਅੰਡਰਮਾਈਨ ਹੋ ਰਹੇ ਸੀਗੇ, ਬੇਅਸਰ ਹੋ ਰਹੇ ਸੀਗੇ। ਤੇ ਅਖੀਰਲੀ ਗੱਲ ਫਿਰ ਆਉਂਦੀ ਹੈ ਨੀਤੀ ਦੀ, ਜਿਹੜੀ ਸਰਬੱਤ ਖਾਲਸੇ ਦੇ ਗੁਰਮਤਿ 'ਚ ਲਿਖਿਆ ਗਿਆ ਵੀ ਸ਼ਾਸਤਰਾਂ ਤੇ ਪਾਬੰਦੀ ਗੁਰੂ ਖਾਲਸਾ ਕਦੇ ਨਹੀਂ ਪ੍ਰਵਾਨ ਕਰੂਗਾ। ਜਦੋਂ ਫਰੰਗੀ ਦੱਖਣੀ ਏਸ਼ੀਆ ਦੇ ਵਿੱਚ ਜਦੋਂ ਆਇਆ, ਤਾਂ ਉਹਨਾਂ ਦੇ ਕੁਝ ਅਹਿਲਕਾਰ, ਇੱਕ ਜੇਮਸ ਬਰਾਊਨ ਨਾਮੀ ਅਹਿਲਕਾਰ ਸੀਗਾ, ਜਿਹਨੇ ਭਾਈ ਲਹਿਣਾ ਸਿੰਘ ਭੰਗੀ ਦੇ ਨਾਲ ਚਿੱਠੀ ਪੱਤਰਾਂ ਦਾ ਜਿਹੜਾ ਸਿਲਸਿਲਾ ਉਹ ਚਲਾਇਆ ਸੀ। ਤੇ ਉਹਨੇ ਲਹਿਣਾ ਸਿੰਘ ਭੰਗੀ ਨੂੰ ਇਹ ਗੱਲ ਪੁੱਛੀ ਸੀਗੀ ਵੀ ਤੁਹਾਨੂੰ ਰਾਜ ਕਰਨ ਦਾ ਅਧਿਕਾਰ ਕਿਵੇਂ ਤੇ ਕਿਉਂ ਮਿਲਿਆ। ਜਿਹੜਾ ਜੇਮਸ ਬਰਾਊਨ ਲਿਖਦਾ ਆ ਵੀ ਲਹਿਣਾ ਸਿੰਘ ਭੰਗੀ ਦਾ ਜਿਹੜਾ ਜਵਾਬ ਸੀ, ਉਹ ਸਪਸ਼ਟ ਸੀ ਕਿ ਰਾਜ ਕਰਨ ਦਾ ਜਿਹੜਾ ਅਧਿਕਾਰ ਆ, ਉਹਦਾ ਵਾਹਦ ਸਰੋਤ ਅਕਾਲ ਪੁਰਖ ਆ। ਰਾਜ ਉਹਨਾਂ ਕੌਮਾਂ ਨੂੰ, ਉਹਨਾਂ ਲੋਕਾਂ ਨੂੰ ਮਿਲਦਾ ਆ ਜਿਨ੍ਹਾਂ ਤੇ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਆ ਤੇ ਜਿਨ੍ਹਾਂ ਦੀ ਤੇਗ ਦੇ ਵਿੱਚ ਜ਼ੋਰ ਆ। ਸੋ 18ਵੀਂ ਸਦੀ ਦੇ ਵਿੱਚ, 80ਵਿਆਂ ਦੇ ਵਿੱਚ ਖਾਲਿਸਤਾਨ ਲਈ ਚੱਲ ਰਹੇ ਸੰਘਰਸ਼ ਦੇ ਵਿੱਚ ਤੇ ਭਵਿੱਖ ਦੇ ਵਿੱਚ ਵੀ ਇਹ ਜਿਹੜੇ ਚਾਰ ਥੰਮ ਹੈਗੇ ਆ ਸਿੱਖਾਂ ਦੇ ਸੰਘਰਸ਼ ਦੇ, ਧਰਮ, ਰਾਜਨੀਤੀ
ਗੁਰਧਾਮ ਤੇ ਸ਼ਾਸਤਰ ਇਹ ਹਮੇਸ਼ਾ ਵਾਸਤੇ ਸਦਾ ਵਾਸਤੇ ਸਾਡਾ ਰਾਹ ਰੋਸ਼ਨ ਕਰਦੇ ਰਹਿਣਗੇ। ਸੋ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਗੱਲ ਬਹੁਤ ਕੀਤੀ ਜਾਂਦੀ ਹੈਗੀ ਆ ਵੀ 1947 ਵਰਗੇ ਹਾਲਾਤ ਪੈਦਾ ਹੋ ਰਹੇ ਆ, ਜਾਂ ਇਹ ਗੱਲ ਵੀ ਇਸ ਗੱਲ ਦਾ ਵੀ ਜ਼ਿਕਰ ਹੁੰਦਾ ਰਹਿੰਦਾ ਵੀ 1947 ਦੇ ਵਿੱਚ ਕੋਈ ਗਲਤੀ ਹੋਈ ਸੀ। ਉਸ ਗਲਤੀ ਨੂੰ ਇਨ੍ਹਾਂ ਵਿਚਾਰਾਂ ਦੇ ਨਾਲ ਸਾਨੂੰ ਸਮਝਣ ਦੀ ਲੋੜ ਹੈਗੀ ਆ ਵੀ 1947 ਦੀ ਕੋਈ ਵਕਤੀ ਗਲਤੀ ਨਹੀਂ ਸੀ ਵੀ ਇੱਕ ਦਿਨ ਕੋਈ ਫੈਸਲਾ ਹੋਇਆ ਸੀਗਾ। 1947 ਦੇ ਵਿੱਚ ਜੋ ਸਾਡੀ ਰਾਜ ਸੀ, ਜਿਹੜੀ ਸਮਝ ਸੀਗੀ, ਉਹ ਬੁਨਿਆਦੀ ਸਮਝ ਦੇ ਵਿੱਚ ਇੱਕ ਵਿਗਾੜ ਸੀ, ਕਿਉਂਕਿ ਆਪਾਂ ਆਪਣੇ ਸੁਤੰਤਰ ਸੰਸਥਾਵਾਂ, ਆਪਣੇ ਤੇਗ ਦੇ ਜੋਹਰ ਤੇ ਟੇਕ ਰੱਖਣ ਦੀ ਬਜਾਏ, ਅਕਾਲ ਪੁਰਖ ਤੇ ਟੇਕ ਰੱਖਣ ਦੀ ਬਜਾਏ ਆਪਾਂ ਗੈਰਾਂ ਤੋਂ ਆਪਾਂ ਆਸਾਂ ਰੱਖਣੀ ਸ਼ੁਰੂ ਕਰਤੀਆਂ ਸੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਰੇ ਨੂੰ ਪਤਾ ਹੀ ਹੈਗਾ, ਪਿਛਲੇ ਕੁਝ ਸਾਲਾਂ ਦੇ ਵਿੱਚ ਜੇ ਆਪਾਂ ਆਪਣੇ ਦੱਖਣੀ ਏਸ਼ੀਆ ਦੇ ਇਲਾਕੇ ਵੱਲ ਆਪਾਂ ਝਾਤ ਮਾਰਦੇ ਹਾਂ ਤਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਬੰਗਲਾਦੇਸ਼ ਦੇ ਵਿੱਚ, ਸ੍ਰੀਲੰਕਾ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਸਾਰੇ ਤਕਰੀਬਨ ਗੁਆਂਢੀ ਮੁਲਕ ਜਿੰਨੇ ਵੀ ਹੈਗੇ ਉਹਨਾਂ ਦੇ ਵਿੱਚ ਕਿੰਨੀ ਉਥਲ-ਪੁਥਲ ਰਹੀ ਆ ਪਿਛਲੇ ਕੁਝ ਸਾਲਾਂ ਦੇ ਵਿੱਚ। ਦੂਰ ਜਾਣ ਦੀ ਲੋੜ ਵੀ ਨਹੀਂ ਹੈਗੀ, ਪਿਛਲੇ ਸਾਲ ਹਜੇ ਸਾਲ ਹੀ ਹੋਇਆ ਜਦੋਂ ਇੰਡੀਆ ਪਾਕਿਸਤਾਨ ਦੇ ਵਿਚਕਾਰ ਜੰਗ ਚੱਲੀ ਆ ਤੇ ਉਹ ਪੰਜਾਬ ਦੀ ਧਰਤੀ ਤੇ ਉਹ ਜੰਗ ਚੱਲੀ ਆ। ਪੰਜਾਬ ਦੇ ਵਿੱਚ ਰਹਿ ਰਹੇ ਆਪਣੇ ਵੀਰਾਂ ਦੇ ਕੰਨਾਂ ਦੇ ਵਿੱਚ ਬੰਬਾਂ ਦੀ ਆਵਾਜ਼ ਗੂੰਜਦੀ ਸੀਗੀ, ਸਾਡੇ ਘਰਾਂ ਦੇ ਵਿੱਚ, ਸਾਡੇ ਖੇਤਾਂ ਦੇ ਵਿੱਚ, ਸਾਡੇ ਗੁਰਦੁਆਰੇ ਸਾਹਿਬਾਨਾਂ ਦੇ ਉੱਪਰ ਬੰਬ ਡਿੱਗ ਰਹੇ ਸੀਗੇ। ਇਸ ਤੋਂ ਸਾਨੂੰ ਸਮਝ ਲੈਣਾ ਚਾਹੀਦਾ ਹੈਗਾ ਵੀ ਜਿੰਨੇ ਵੱਡੇ ਖਤਰੇ ਸਿੱਖਾਂ ਵਾਸਤੇ ਪੈਦਾ ਹੋ ਰਹੇ ਆ, ਆਉਣ ਵਾਲੇ ਸਮੇਂ ਦੇ ਵਿੱਚ ਓਡੇ ਹੀ ਵੱਡੀਆਂ ਸੰਭਾਵਨਾਵਾਂ ਗੁਰੂ ਖਾਲਸਾ ਪੰਥ ਦੀ ਚੋਲੀ ਪੈ ਸਕਦੀਆਂ। ਪਰ ਇਸ ਸੰਭਾਵਨਾਵਾਂ ਦਾ ਲਾਹਾ ਉਹੀ ਕੌਮਾਂ ਲੈ ਸਕਦੀਆਂ ਜਿਹੜੀਆਂ ਆਪਣੇ ਸਿਧਾਂਤ, ਆਪਣੇ ਆਦਰਸ਼ਾਂ ਪ੍ਰਤੀ ਸਪਸ਼ਟ ਹੋਣ, ਨਿਸ਼ਾਨੇ ਪ੍ਰਤੀ ਵਚਨਬੱਧ ਹੋਣ ਤੇ ਉਹਨਾਂ ਦੀ ਤਿਆਰੀ ਹੋਵੇ, ਲਾਮਬੰਦੀ ਹੋਵੇ। ਗੁਰੂ ਨੂੰ ਮੁੱਖ ਕਰਕੇ ਆਪਣੀ ਸੁਤੰਤਰ ਤਾਕਤ ਨੂੰ ਉਸਾਰ ਕੇ ਆਪਣੇ ਗੁਰਧਾਮਾਂ ਦੇ ਵਿੱਚ, ਆਪਣੀਆਂ ਪੰਥਕ ਜਥੇਬੰਦੀਆਂ ਦੇ ਵਿੱਚ, ਤੇ ਜੋ ਗੁਰੂ ਪਾਤਸ਼ਾਹ ਵੱਲੋਂ ਗੁਰੂ ਖਾਲਸਾ ਨੂੰ ਬਖਸ਼ੇ ਹਰ ਹੀਲੇ ਵਸੀਲੇ ਦੀ ਆਪਾਂ ਉਹ ਵਰਤੋਂ ਕਰਨੀ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਰਾਜ ਦੀ ਸਥਾਪਤੀ ਕਰਨ ਵਾਸਤੇ। ਸੋ ਆਪਣਾ ਜਿਹੜਾ ਪਹਿਲਾ ਕਦਮ ਹੈਗਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਕਮਰ ਕੱਸੇ ਕਰਕੇ ਆਪਾਂ ਅਰਦਾਸ ਇਹੀ ਕਰਨੀ ਆ, ਆਉਣ ਵਾਲੇ ਸਮੇਂ ਦੇ ਵਿੱਚ ਜੋ ਪਰਖ ਦੀਆਂ ਕੜੀਆਂ ਆਉਣ ਵਾਲੀਆਂ, ਮਹਾਰਾਜ ਸਾਨੂੰ ਉਹਨਾਂ ਪਰਖ ਦੀ ਕੜੀਆਂ ਚੋਂ ਸਾਬਤ ਕਦਮੀ ਅੱਗੇ ਲੰਘਣ ਵਾਸਤੇ ਬਲ, ਬੁੱਧੀ, ਸਮਰੱਥਾ ਬਖਸ਼ਿਸ਼ ਕਰਨ। ਤੇ ਜਿਸ ਤਰ੍ਹਾਂ ਸੰਤਾਂ ਨੇ ਸਾਨੂੰ 1978 ਦੇ ਵਿੱਚ ਯਾਦ ਕੀਤਾ ਸੀਗਾ, ਉਹ ਸਾਨੂੰ ਮਹਾਰਾਜ ਜਿਉਂਦਿਆਂ ਦੀ ਗਿਣਤੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਸਾਡੇ ਮਨ ਦੇ ਵਿੱਚ ਤਾਂਘ ਹੋਵੇ, ਤੜਫ ਉਪਜੇ, ਅਰਦਾਸ ਨਿਕਲੇ ਤੇ ਉਸ ਤੜਫ ਵਿੱਚੋਂ, ਉਸ ਤਾਂਘ ਵਿੱਚੋਂ ਸਾਡੇ ਭਵਿੱਖ ਦੇ ਸਾਰੇ ਰਾਹ ਨਿਕਲ ਆਉਣਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਇਹ ਸਨ ਪ੍ਰਭਜੋਤ ਸਿੰਘ ਜੀ, ਜੋ ਕਿ ਕੈਨੇਡਾ ਤੋਂ ਸਾਡੇ ਪਾਸ ਇੱਕ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਆਏ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਮੈਂ ਬੇਨਤੀ ਕਰਾਂਗਾ ਡਾਕਟਰ ਅਮਰਜੀਤ ਸਿੰਘ ਜੀ ਨੂੰ ਕਿ ਉਹ ਵੀ ਤਿਆਰ ਰਹਿਣ। ਉਸ ਤੋਂ ਪਹਿਲਾਂ ਬੇਨਤੀ ਕਰਾਂ ਨਵਜੋਤ ਕੌਰ ਕਾਰਨੀਆਂ, ਭੈਣ ਜੀ ਨਵਨੀਤ ਕੌਰ ਕਾਰਨੀਆਂ, ਉਹ ਵੀ ਸਟੇਜ 'ਤੇ ਆ ਜਾਣ। ਇੱਕ ਜੋ ਜੂਨ 84 ਸ੍ਰੀ ਦਰਬਾਰ ਸਾਹਿਬ 'ਚ ਸ਼ਹੀਦ ਬੀਬੀਆਂ ਦੀ ਗਾਥਾ ਕੌਰਨਾਮਾ 3 ਬੁੱਕ ਰਿਲੀਜ਼ ਕੀਤੀ ਜਾਵੇਗੀ। ਉਸ ਵਿੱਚ ਸਾਰੇ ਸ਼ਹੀਦ ਪਰਿਵਾਰ ਆਲਰੇਡੀ ਸਟੇਜ 'ਤੇ ਪਹੁੰਚੇ ਹੋਏ ਹਨ। ਜੋ ਗੁਰਦੁਆਰਾ ਸਾਹਿਬ ਸਾਊਥ ਸਨ ਫਰਾਂਸਿਸਕੋ ਗਗਨਦੀਪ ਸਿੰਘ ਘੋਤਰਾ, ਕੁਲਵੰਤ ਸਿੰਘ ਖਹਿਰਾ, ਪਲੀਜ਼ ਉਹ ਵੀ ਸਟੇਜ 'ਤੇ ਆ ਜਾਣ। ਗੁਰਦੁਆਰਾ ਸਾਹਿਬ ਮੋਡੈਸਟੋ ਭਾਈ ਜਗਰਾਜ ਸਿੰਘ ਢਾਲੀਵਾਲ, ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸਟੇਜ 'ਤੇ ਆ ਜਾਣ। ਗੁਰਦੁਆਰਾ ਸਾਹਿਬ ਟਰਲਕ, ਉਹ ਵੀ ਪਲੀਜ਼ ਸਟੇਜ 'ਤੇ ਆ ਜਾਣ। ਗੁਰਦੁਆਰਾ ਸਾਹਿਬ ਸੈਂਟਾ ਕਲਾਰਾ ਭਾਈ ਬਲਕਾਰ ਸਿੰਘ ਜੀ, ਅਮਰਜੀਤ ਸਿੰਘ ਜੀ ਮੁਲਤਾਨੀ, ਉਹ ਵੀ ਸਟੇਜ 'ਤੇ ਆ ਜਾਣ। ਗੁਰਦੁਆਰਾ ਸਾਹਿਬ ਬਰਾੜ ਸ਼ਾਹ ਜਸਪਾਲ ਸਿੰਘ ਜੀ, ਜਿੱਥੇ ਵੀ ਆਵਾਜ਼ ਸੁਣਦੇ ਹੋਣ ਪਲੀਜ਼ ਸਟੇਜ 'ਤੇ ਆ ਜਾਓ। ਜੋ ਆਹ ਬੁੱਕ ਕੌਰਨਾਮਾ ਹੈ, ਇਸ ਨੂੰ ਆਪਾਂ
ਜੋ ਰਿਲੀਜ਼ ਕਰਨ ਦੀ ਸੈਰਾਮਨੀ ਹੈ ਉਹ ਕਰ ਸਕੀਏ। ਨਾਲ ਹੀ ਮੈਂ ਬੇਨਤੀ ਕਰਾਂ ਜੋ ਬੀਬੀਆਂ ਨੇ ਇਹਨਾਂ ਵੱਲੋਂ ਹੀ ਇਹ ਬੁੱਕ ਰਿਲੀਜ਼ ਕੀਤੀ ਜਾਵੇਗੀ। ਕੌਰਨਾਮਾ 3 ਜੂਨ 84 ਸ੍ਰੀ ਦਰਬਾਰ ਸਾਹਿਬ ਸ਼ਹੀਦ ਬੀਬੀਆਂ ਦੀ ਗਾਥਾ ਬਲਜਿੰਦਰ ਸਿੰਘ ਘੋਟਪਾਰਾ ਦੀ ਲਿਖੀ ਹੋਈ ਬੁੱਕ ਹੈ ਇਹ, ਜੋ ਕਿ ਰਿਲੀਜ਼ ਕੀਤੀ ਜਾ ਰਹੀ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਾਂ ਕਿ ਆਪ ਖੜੇ ਹੋ ਜਾਓ ਜੋ ਇਹ ਬੁੱਕ ਰਿਲੀਜ਼ ਕੀਤੀ ਜਾਵੇ। ਤੁਸੀਂ ਨਾਲ ਪੜਾ ਦਿਓ ਜੋ ਵੀ ਹੈ। बोले सो निहाल। ਇਸ ਤੋਂ ਉਪਰੰਤ ਮੈਂ ਬੇਨਤੀ ਕਰਾਂ ਡਾਕਟਰ ਅਮਰਜੀਤ ਸਿੰਘ ਜੀ ਨੂੰ ਕਿ ਜੋ ਕਿ ਸਿੱਖ ਸੰਘਰਸ਼ ਲਈ ਆਪਣਾ ਅਹਿਮ ਰੋਲ ਨਿਭਾ ਰਹੇ ਨੇ। ਉਹਨਾਂ ਨੇ ਦਿਲ ਦੇ ਵਿੱਚੋਂ ਪ੍ਰਣ ਕੀਤਾ ਹੋਇਆ ਹੈ ਕਿ ਜਿੰਨੀ ਦੇਰ ਤੱਕ ਮੇਰਾ ਆਖਰੀ ਸਵਾਸ ਹੈ ਮੈਂ ਇਸ ਸਿੱਖ ਸੰਘਰਸ਼ ਲਈ ਆਪਣਾ ਲੜਦਾ ਰਹਾਂਗਾ। ਜੋ ਸਾਡੇ ਤੇ ਹਰ ਰੋਜ਼ ਵਿਤਕਰੇ ਹੋ ਰਹੇ ਨੇ ਜਾਂ ਜੋ ਸਾਨੂੰ ਕੁਰਬਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਦੇ ਅਗੇਂਸਟ ਜੋ ਇਹਨਾਂ ਨੇ ਆਵਾਜ਼ ਆਪਣੀ ਬੁਲੰਦ ਕੀਤੀ ਹੋਈ ਹੈ, ਇਹਨਾਂ ਨੂੰ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੋ ਆਪਣੇ ਟਾਈਮ ਵਿੱਚੋਂ ਟਾਈਮ ਕੱਢ ਕੇ ਇੱਕ ਸਿੱਖ ਸੰਘਰਸ਼ ਲਈ ਆਪਣਾ ਅਹਿਮ ਰੋਲ ਨਿਭਾ ਰਹੇ ਨੇ। ਡਾਕਟਰ ਅਮਰਜੀਤ ਸਿੰਘ ਜੀ। दिलों मोहब्बत जिन सही सच्चिया, जिन मन होर मुख होर से कांडे कच्चिया, रत्ते इश्क खुदाए रंग दीदार के, विसरिया जिन नाम से पोए भार थिए, आप लिए लड़ लाए दर दरवेश से, तिना धन जनेंदी माओ आए सफल से, परवरदगार अपार अगम बेअंत तू, जिना पछाता सच चुम्मा पैर मुँह, तेरी पनह खुदाए तू बख्शंदगी, शेख फरीद खैर दीजै बंदगी। वाहिगुरु जी का खालसा वाहिगुरु जी की फतेह। कैलिफोर्निया दी कमर्शियल कैपिटल ते उस सिविक सेंटर दे सामने, जिस सिविक सेंटर 10 दसंबर 1948 ਨੂੰ 50 ਮੁਲਕਾਂ ਦੇ ਨੁਮਾਇੰਦਿਆਂ ਨੇ ਮਿਲ ਕੇ ਚਾਰਟਰ ਆਫ ਹਿਊਮਨ ਰਾਈਟਸ ਜਾਰੀ ਕੀਤਾ ਸੀ, ਜਿਸ ਦੇ ਵਿੱਚ ਮੁੱਢਲੇ ਤੌਰ ਤੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦਾ ਹੱਕ, ਇਹ ਕੌਮਾਂ ਦਾ ਮੁੱਢਲਾ ਹੱਕ ਮੰਨਿਆ ਗਿਆ ਸੀ। ਅੱਜ 14ਵਾਂ ਫਰੀडम ਮਾਰਚ, ਸੋਵਰਨਿਟੀ ਮਾਰਚ, ਲਿਬਰਟੀ ਮਾਰਚ, ਜਸਟਿਸ ਮਾਰਚ ਤੇ ਸਾਦਾ ਪੰਜਾਬੀ ਦੇ ਵਿੱਚ ਬਾਦਸ਼ਾਹਤ, ਜਿਹੜੀ 1849 ਦੇ ਵਿੱਚ ਸਾਥੋਂ ਖੁੱਸੀ, ਜਿਸ ਬਾਦਸ਼ਾਹ ਦੇ ਨੈਣ ਨਕਸ਼ ਕਦੇ ਅਸੀਂ ਯੂਕੇ ਦੇ ਵਿੱਚ ਦਲੀਪ ਸਿੰਘ ਦੀ ਕਬਰ ਤੇ ਜਾ ਕੇ ਲੱਭਦੇ ਹਾਂ, ਕਦੇ ਅਸੀਂ ਅੱਡ-ਅੱਡ ਮੌਕਿਆਂ ਦੇ ਬਿਰਤਾਂਤ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਰਾਜ ਕਰਦਿਆਂ ਲੱਭਦੇ ਹਾਂ। ਪਰ ਹਕੀਕਤ ਇਹ ਹੈ ਕਿ ਜਦੋਂ ਕੋਈ ਵਕਤ ਅਸੀਂ ਗਵਾ ਲੈਂਦੇ ਹਾਂ, तो मैं अक्सर उर्दू का एक कपलेट दोहराता है कि वो वक्त भी देखा तारीख की घड़ियों ने,
जब लम्हों ने खता की सदियों ने सज़ा पाई। बहुत वार गलत फैसला ਉਹ ਨਿੱਜੀ ਜ਼ਿੰਦਗੀ ਦੇ ਵਿੱਚ ਹੋਏ ਤੇ ਜਦੋਂ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਗਲਤ ਫੈਸਲੇ ਲਏ ਜਾਂਦੇ ਨੇ ਤੇ ਫਿਰ ਕਈ ਵਾਰ ਸਦੀਆਂ ਤੱਕ ਉਸ ਦੀ ਤਕਲੀਫ ਉਹਨਾਂ ਕੌਮਾਂ ਨੂੰ ਜਰਨੀ ਪੈਂਦੀ ਹੈ। ਅੱਜ ਦਾ ਦਿਨ 42ਵੀਂ ਘੱਲੂਘਾਰੇ ਦੀ ਯਾਦ ਨੂੰ ਸਮਰਪਿਤ ਹੈ ਔਰ ਇਸ ਦੇ ਨਾਲ 40ਵਾਂ ਖਾਲਿਸਤਾਨ ਡੈਕਲੇਰੇਸ਼ਨ ਡੇ ਔਰ ਇਸ ਸਭ ਦਾ ਮੂਲ 3 ਜੂਨ 1984 ਦਾ ਉਹ ਦਿਨ ਜਿਹੜਾ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਸੀ ਔਰ ਦੁਸ਼ਮਣ ਨੇ ਵੀ ਉਸ ਦਿਨ ਨੂੰ ਚੁਣਿਆ ਤਾਂ ਕਿ ਉਹ ਵੱਧ ਤੋਂ ਵੱਧ ਸਿਰਫ ਨੁਕਸਾਨ ਕਰਨ ਤੱਕ ਇਹ ਗੱਲ ਮਹਦੂਦ ਨਹੀਂ ਸੀ। ਇਨਫੈਕਟ ਇਹ ਸਿੱਖਾਂ ਦੇ ਖਿਲਾਫ ਅਨਐਲਾਨੀਆ ਟੋਟਲ ਵਾਰ ਸੀ। ਇਹ ਮਹਿਜ਼ ਫਿਜ਼ੀਕਲ ਜੈਨੋਸਾਈਡ ਤੱਕ ਮਹਦੂਦ ਨਹੀਂ ਹੈ। ਜਦੋਂ ਅਜੇ ਜੈਨੋਸਾਈਡ ਜਾਂ ਹੋਲੋਕਾਸਟ ਜਾਂ ਐਥਨਿਕ ਕਲੀਨਜ਼ਿੰਗ ਲਫ਼ਜ਼ ਨਹੀਂ ਸੀ ਘੜੇ ਗਏ, 18ਵੀਂ ਸਦੀ ਦੇ ਵਿੱਚ ਘੱਲੂਘਾਰਾ ਲਫ਼ਜ਼ ਜਿਹੜਾ ਸਿੱਖ ਕੌਮ ਨੇ 2 ਵਾਰ ਵਰਸਟ 18th ਸੈਂਚੁਰੀ 'ਚ ਫੇਸ ਕੀਤਾ ਹੈ। ਅਸੀਂ ਛੋਟਾ ਘੱਲੂਘਾਰਾ ਪਹਿਲਾਂ ਵਾਪਰਦਾ, ਵੱਡਾ ਘੱਲੂਘਾਰਾ, ਔਰ ਜਦੋਂ ਅਸੀਂ ਉਹਨਾਂ ਵਾਕਿਆਂ ਨੂੰ ਯਾਦ ਕਰਦੇ ਹਾਂ ਤੇ ਬਹੁਤ ਵਾਰ ਹਿਸਟਰੀ ਦੇ ਵਿੱਚ ਤੁਸੀਂ ਪਿੱਛੇ ਜਾ ਕੇ ਤੇ ਉਸ ਦੇ ਕੰਪੈਰੀਟਿਵਲੀ ਅੱਜ ਦੇ ਉਸ ਮਾਹੌਲ ਨੂੰ ਦੇਖਦੇ ਹੋ। ਉਹ ਜ਼ਮਾਨੇ ਐਮਪਾਇਰਸ ਦੇ ਸਨ, ਦੁਨੀਆ ਦੇ ਵਿੱਚ ਵੱਡੇ ਵੱਡੇ ਐਮਪਾਇਰ, ਆਟੋਮਨ ਐਮਪਾਇਰ, ਬ੍ਰਿਟਿਸ਼ ਐਮਪਾਇਰ, ਉਸ ਤੋਂ ਪਹਿਲਾਂ ਰੋਮਨ ਐਮਪਾਇਰ, ਪਰਸ਼ੀਅਨ ਐਮਪਾਇਰ। ਤੇ ਉਹਨਾਂ ਐਮਪਾਇਰਸ ਦੇ ਵਿੱਚ ਇਹ ਇੱਕ ਕਾਮਨ ਗੱਲ ਸੀ, ਦੁਸ਼ਮਣ ਨੂੰ ਡਿਸਟਰੋਏ ਕਰਨਾ, ਉਹਨਾਂ ਦੀਆਂ ਔਰਤਾਂ, ਉਹਨਾਂ ਦੇ ਜਾਨ ਮਾਲ ਨੂੰ ਸਭ ਨੂੰ ਹੀ ਜਿਹੜਾ ਉਹ ਆਪਣੀ ਮਲਕੀਅਤ ਸਮਝਣਾ, ਮਾਲੇ ਗਨੀਮਤ, ਇਹ ਲਫ਼ਜ਼ ਉਸ ਦੌਰ ਦਾ ਹੈ। ਲੇਕਿਨ ਇਹ ਕਦੇ ਕਿਸੇ ਨੇ ਇਮੈਜਿਨ ਨਹੀਂ ਸੀ ਕੀਤਾ ਕਿ 20ਵੀਂ ਸਦੀ ਦੇ ਅੰਦਰ ਇੱਕ ਉਹ ਹਕੂਮਤ ਜਿਹੜੀ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਕਹਿੰਦੀ ਹੈ, ਉਹ ਮੁਲਕ ਜਿਸ ਮੁਲਕ ਦੀ ਕਾਇਮੀ ਦੇ ਲਈ, ਉਸ ਦੀ ਫਰੀडम ਦੇ ਲਈ ਜਿਸ ਕੌਮ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਜਿਸ ਅਕਾਲ ਤਖਤ ਤੋਂ ਉਸ ਮੌਕੇ ਦੇ ਉੱਤੇ ਜਿਸ ਨੂੰ ਕਦੇ ਗਾਂਧੀ ਨੇ ਜਦੋਂ ਚਾਬੀਆਂ ਦਾ ਮੋਰਚਾ ਬਾਬਾ ਖੜਕ ਸਿੰਘ ਦੀ ਅਗਵਾਈ ਥੱਲੇ ਫਤਹ ਹੋਇਆ ਤੇ ਗਾਂਧੀ ਦੀ ਉਹ ਟੈਲੀਗ੍ਰਾਮ ਜਿਹੜੀ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਮੌਜੂਦ ਸੀ, ਇਹ ਬਾਅਦ ਦੇ ਵਿੱਚ ਜਿਹੜਾ ਇਹਨਾਂ ਨੇ ਲੁੱਟਿਆ ਸਾਡਾ ਰੈਫਰੈਂਸ ਲਾਇਬ੍ਰੇਰੀ ਦਾ ਖਜ਼ਾਨਾ, ਉਹਦੇ ਵਿੱਚੋਂ ਟੈਲੀਗ੍ਰਾਮ ਵੀ ਗਾਇਬ ਹੋ ਗਈ ਜਿਹਦੇ 'ਚ ਉਹਨੇ ਕਿਹਾ, ਕੰਗ੍ਰੈਚੁਲੇਸ਼ਨਸ, ਯੂ ਹੈਵ ਵਨ ਦਾ ਫਸਟ ਬੈਟਲ ਆਫ ਫਰੀडम ਆਫ ਇੰਡੀਆ, ਕਿ ਤੁਸੀਂ ਪਹਿਲੀ ਜੰਗ ਜਿੱਤ ਲਈ ਹੈ, ਹੁਣ ਤੁਸੀਂ ਸਾਰੇ ਮੁਲਕ ਨੂੰ ਆਜ਼ਾਦ ਕਰਵਾਉਣਾ ਹੈ। ਵੱਖਰੀ ਕਹਾਣੀ ਹੈ ਕਿ ਉਹਨਾਂ ਨੇ ਸਾਡੇ ਖਾਲਸਾ ਰਾਜ ਦੇ ਕਨਸੈਪਟ ਨੂੰ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ ਪਾਇਆ। ਜਦੋਂ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਜ਼ਿਕਰ ਕਰਦੇ ਹਾਂ, ਇੱਕ ਤਾਰੀਖ ਦਾ ਸਟੂਡੈਂਟ ਹੋਣ ਦੇ ਨਾਤੇ ਮੈਂ ਇਹ ਸਮਝਦਾ ਕਿ ਸਿੱਖ ਰਾਜ ਜਾਣ ਤੋਂ ਬਾਅਦ ਪਹਿਲੀ ਆਵਾਜ਼ ਸਿੱਖ ਰਾਜ ਲਈ ਭਾਈ ਮਹਾਰਾਜ ਸਿੰਘ ਨੇ ਚੁੱਕੀ, ਜਿਹੜੇ ਭਾਈ ਮਹਾਰਾਜ ਸਿੰਘ ਬਾਬਾ ਵੀਰ ਸਿੰਘ ਨੌਰੰਗਾਬਾਦੀ ਦੇ ਉਸ ਮੁਕਾਮ ਦੇ ਮੁੱਖ ਸੇਵਾਦਾਰ ਬਣੇ ਸਨ। ਇਤਿਹਾਸ ਤੋਂ ਅਸੀਂ ਵਾਕਿਫ ਹਾਂ ਕਿ ਸ਼ਾਹ ਮੁਹੰਮਦ ਨੇ ਜਦੋਂ ਇਹ ਲਫ਼ਜ਼ ਕਹੇ ਸੀ ਕਿ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ, ਤੇ ਉਹਨਾਂ ਨੇ ਭੂਤ ਮੰਡਲੀ ਹੋਈ ਤਿਆਰ ਮੀਆਂ ਕਿਹਾ ਸੀ, ਇਸ ਲਈ ਸੀ ਕਿ ਬਾਬਾ ਵੀਰ ਸਿੰਘ ਨੌਰੰਗਾਬਾਦੀ ਦੇ ਉਸ ਡੇਰੇ ਦੇ ਉੱਤੇ ਜਿੱਥੇ ਜਰਨੈਲ ਹਰੀ ਸਿੰਘ ਨਲੂਏ ਦਾ ਲੜਕਾ ਵੀ ਸੀ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਹੋਰ ਬੇਟਾ ਵੀ ਸੀ, ਕਿਵੇਂ ਖਾਲਸਾ ਫੌਜ ਤੋਂ ਡੋਗਰਿਆਂ ਨੇ ਹਮਲਾ ਕਰਵਾਇਆ। ਔਰ ਭਾਈ ਮਹਾਰਾਜ ਸਿੰਘ ਉਹਨਾਂ ਨੇ ਲਾਸਟ ਜਦੋਂ ਕਿ ਅਸੀਂ ਚੇਲਿਆਂਵਾਲਾ ਦੀ ਲੜਾਈ ਔਰ ਰਾਮਨਗਰ ਦੀ ਲੜਾਈ ਦੇਖਦੇ ਹਾਂ ਜਿਹਦੇ 'ਚ ਫਾਈਨਲੀ ਸਿੱਖ ਫੌਜ ਦਾ ਸਰੈਂਡਰ ਹੋਇਆ, ਭਾਈ ਮਹਾਰਾਜ ਸਿੰਘ ਉੱਥੋਂ ਬਚ ਕੇ ਨਿਕਲੇ ਔਰ ਉਹਨਾਂ ਨੇ ਤਈਆ ਕੀਤਾ ਕਿ ਖਾਲਸਾ ਰਾਜ ਵਾਪਸ ਅਸੀਂ ਹਾਸਲ ਕਰਨਾ ਹੈ। ਮੈਂ ਇਸ ਲਈ ਮੈਂਸ਼ਨ ਕਰ ਰਿਹਾ ਕਿ ਆਪਣੀ ਕੌਮ ਦੇ ਵਿੱਚ ਪੜ੍ਹਨ ਲਿਖਣ ਦਾ ਕੋਈ ਬਹੁਤਾ ਸ਼ੌਕ ਨਹੀਂ ਹੈ। ਅਨਫੋਰਚੂਨੇਟਲੀ ਅੱਜ ਸੋਸ਼ਲ ਮੀਡੀਆ ਇੱਕ ਦੋ ਧਾਰੀ ਤਲਵਾਰ ਹੈ, ਇੱਕ ਪਾਸੇ ਜਾਣਕਾਰੀ ਵੀ ਹੈ, ਮਿਸ ਇਨਫੋਰਮੇਸ਼ਨ ਵੀ ਹੈ, ਪਰ ਅਟੈਂਸ਼ਨ ਸਪੈਨ ਇੰਨਾ ਕੁ ਰਹਿ ਗਿਆ ਕਿ ਮਿੰਟ ਡੇਢ ਮਿੰਟ ਦੀ ਰੀਲ ਤੱਕ ਹੀ ਸਾਡਾ ਸਾਰਾ ਫਲਸਫਾ ਗਾਇਬ ਹੋ ਜਾਂਦਾ ਹੈ। ਅੱਜ ਜਿਹੜੇ ਸਾਡੇ ਸਾਹਮਣੇ ਚੈਲੰਜਸ ਨੇ, ਮੈਨੂੰ ਇਹ ਕਿਹਾ ਗਿਆ ਸੀ ਕਿ ਯੂਥ ਨੂੰ ਕਿਵੇਂ ਮੋਟੀਵੇਟ ਕੀਤਾ ਜਾਏ, ਉਹ ਕੀ ਕਰਨ। ਮੈਂ ਬਹੁਤ ਵਾਰ ਇਹ ਦੇਖਦਾ ਹਾਂ ਵੀ ਜਦੋਂ ਇਸ ਕਿਸਮ ਦੇ ਅਸੀਂ ਸਵਾਲ ਚੁੱਕਦੇ ਹਾਂ, ਇੱਕ ਵਾਕਿਆ ਇਤਿਹਾਸ ਦਾ ਪ੍ਰਿੰਸੀਪਲ ਜੋਧ ਸਿੰਘ
ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਹਿਲੇ ਵਾਈਸ ਚਾਂਸਲਰ ਬਣੇ, ਕਿਸੇ ਜ਼ਮਾਨੇ 'ਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਨ। ਉਹਨਾਂ ਦੇ ਕੋਲ ਇੱਕ ਟੀਚਰਸ ਦਾ ਵਫਦ ਗਿਆ ਕਿ ਪ੍ਰਿੰਸੀਪਲ ਸਾਹਿਬ ਸਾਨੂੰ ਦੱਸੋ ਕਿ ਬੱਚੇ ਨੂੰ ਧਰਮ ਦੀ ਸਿੱਖਿਆ ਕਦੋਂ ਦੇਣੀ ਚਾਹੀਦੀ ਹੈ, ਕਿਹੜਾ ਸਾਲ ਹੈ ਜਿਸ ਤੋਂ ਬਾਅਦ ਸਾਨੂੰ ਜਿਹੜਾ ਬੱਚੇ ਨੂੰ ਧਾਰਮਿਕ ਸਿੱਖਿਆ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਤੇ ਉਹਨਾਂ ਦਾ ਜਵਾਬ ਸੀ ਬੱਚੇ ਦੇ ਜਨਮ ਤੋਂ 25 ਸਾਲ ਪਹਿਲਾਂ। ਯਾਨੀ ਕਿ ਮਾਪਿਓ ਬੱਚੇ ਦੇ ਜਦੋਂ ਧਰਮੀ ਹੋਣਗੇ, ਜਿਨ੍ਹਾਂ ਘਰਾਂ ਦੇ ਵਿੱਚ ਕਿਰਤ ਕਮਾਈ ਹੋਏਗੀ, ਜਿਨ੍ਹਾਂ ਘਰਾਂ ਦੇ ਵਿੱਚ ਸਿੱਖੀ ਵੈਲਿਊਜ਼ ਹੋਣਗੀਆਂ, ਉੱਥੇ ਤੁਸੀਂ ਇਹ ਤਵੱਕੋ ਨਹੀਂ ਕਰੋਗੇ ਕਿ ਤੁਹਾਡੇ ਬੱਚੇ ਬੱਚੀਆਂ ਨੂੰ ਗੁਰਦੁਆਰਾ ਕਮੇਟੀਆਂ ਕੋਈ ਸਿੱਖੀ ਦੀ ਜਾਚ ਸਿਖਾ ਦੇਣ। ਜਾਂ ਅਸੀਂ ਬਹੁਤ ਵਾਰ ਸ਼ਿਕਾਇਤ ਕਰਦੇ ਹਾਂ ਆਪਣੀਆਂ ਵੱਡੀਆਂ ਕਮੇਟੀਆਂ ਤੇ, ਉਹ ਸਭ ਕੰਪਰੋਮਾਈਜ਼ਡ ਨੇ। ਉਹ 47 ਤੋਂ ਬਾਅਦ ਕੰਪਰੋਮਾਈਜ਼ ਹੁੰਦਾ ਅੱਜ ਵੀ ਤੁਸੀਂ ਆਪਣੀਆਂ ਕੋਈ ਬਾਡੀਜ਼ ਦਾ ਨਾਂ ਲਓ, ਅੱਜ 3-4 ਤਾਂ ਸਿੱਧੇ ਤੌਰ ਦੇ ਉੱਤੇ ਬੀਜੇਪੀ ਦੇ ਕੰਟਰੋਲ 'ਚ ਨੇ। ਤਖਤ ਹਜ਼ੂਰ ਸਾਹਿਬ ਹੋਏ, ਪਟਨਾ ਸਾਹਿਬ ਮੈਨੇਜਮੈਂਟ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ। ਤੇ ਪੰਜਾਬ ਦੇ ਹਵਾਲੇ ਨਾਲ ਤੁਸੀਂ ਦੇਖਿਆ ਕੱਲ ਜਿਹੜਾ ਘੱਲੂਘਾਰੇ ਦੇ ਸਮਾਗਮ ਸਨ, 2 ਦਿਨ ਪਹਿਲਾਂ 11 ਕੰਪਨੀਆਂ CRPF BSF ਦੀਆਂ ਆਈਆਂ, ਫਲੈਗ ਮਾਰਚ ਅੰਮ੍ਰਿਤਸਰ 'ਚ ਕੀਤਾ ਗਿਆ। ਬੇਸ਼ੱਕ ਸਿੱਖ ਨੌਜਵਾਨੀ ਦਾ ਵੱਡਾ ਇਕੱਠ ਸੀ ਅਕਾਲ ਤਖਤ ਸਾਹਿਬ ਦੇ ਸਾਹਮਣੇ, ਪਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀ ਘੁਸਪੈਠ ਸੀ। ਔਰ ਇੱਕ ਵੱਡੇ ਸਕਾਲਰ ਮੈਨੂੰ ਦੱਸ ਰਹੇ ਸੀ ਕਿ ਜਿਹੜਾ ਫਲੈਗ ਮਾਰਚ ਦਾ ਕਨਸੈਪਟ ਹੈ, ਇਹ ਨਿਕਲਿਆ ਹੀ ਇੱਥੋਂ ਹੈ ਕਿ ਇਹ ਸਾਡੀ ਆਕੂਪਾਈਡ ਟੈਰੀਟਰੀ ਹੈ। ਔਰ ਜਿਹੜੇ ਵਛਿੰਦੇ ਨੇ ਉਹਨਾਂ ਨੂੰ ਇਹ ਮੈਸੇਜ ਦੇਣਾ ਹੁੰਦਾ ਹੈ ਕਿ ਤੁਸੀਂ ਆਵਾਜ਼ ਨਹੀਂ ਚੁੱਕ ਸਕਦੇ, ਇਹ ਤੁਹਾਡੀਆਂ ਸੜਕਾਂ, ਤੁਹਾਡੀਆਂ ਗਲੀਆਂ, ਤੁਹਾਡੇ ਬਾਜ਼ਾਰ, ਇਹ ਅੰਡਰ ਆਵਰ ਆਕੂਪੇਸ਼ਨ ਨੇ। ਇਹ ਕਹਾਣੀ 42 ਸਾਲ ਬਾਅਦ ਵੀ ਅੰਮ੍ਰਿਤਸਰ 'ਚ ਦੁਹਰਾਈ ਗਈ। ਕਿਸ ਲੈਵਲ ਦੇ ਉੱਤੇ ਇੱਕ ਖੌਫ ਪੈਦਾ ਕੀਤਾ ਜਾ ਰਿਹਾ ਹੈ। ਚੈਲੰਜਸ 4 ਚਫੇਰੇ ਨੇ। ਔਰ ਮੈਂ ਸਮਝਦਾ ਕਿ ਜੇ ਅਸੀਂ ਬਹੁਤ ਸਾਰਾ ਜਿਹੜੀਆਂ ਪਰਸੀਕਿਊਟਡ ਕੌਮਾਂ ਨੇ, ਬੇਸ਼ੱਕ ਜੋ ਕੁਝ ਅੱਜ ਇਜ਼ਰਾਈਲ ਗਜ਼ਾ ਦੇ ਵਿੱਚ ਜਾਂ ਲਬਨਾਨ ਦੇ ਵਿੱਚ ਕਰ ਰਿਹਾ ਉਹਨੂੰ ਅਸੀਂ ਐਂਡੋਰਸ ਨਹੀਂ ਕਰਦੇ, ਬਿਲਕੁਲ ਕੰਡੈਮ ਕਰਦੇ ਹਾਂ। ਲੇਕਿਨ ਸਾਨੂੰ ਇਹ ਸਿੱਖਣਾ ਹੋਏਗਾ ਕਿ 2-3 ਹਜ਼ਾਰ ਸਾਲ ਇਹ ਕੌਮ ਜਿਹਦੀ ਇੱਕ ਤੋਂ ਬਾਅਦ ਇੱਕ ਪਰਸੀਕਿਊਸ਼ਨ ਹੋਈ, ਇਕੱਲੀ ਉਸ ਲੈਂਡ ਦੇ ਵਿੱਚ ਨਹੀਂ, ਯੂਰਪ ਦੇ ਵਿੱਚ ਬੇਸ਼ੱਕ ਹਿਟਲਰ ਇਸ ਮਾਮਲੇ 'ਚ ਕਈ ਮਾਮਲਿਆਂ 'ਚ ਮੱਚ ਮੈਲਾਈਂਡ ਹੈ। ਹਿਟਲਰ ਨੇ ਕੈਸ਼ ਅਪਨ ਕੀਤਾ ਹੈ ਜਿਹੜੀ ਹੇਟਰਡ ਯਹੂਦੀਆਂ ਦੇ ਖਿਲਾਫ ਯੂਰਪ ਦੇ ਵਿੱਚ ਸੀ। ਯੂਕਰੇਨ ਹੋਏ, ਸਰਬੀਆ ਹੋਏ, ਰਸ਼ੀਆ ਹੋਏ, ਅਰਮੀਨੀਆ ਹੋਏ, ਉਹਨਾਂ ਥਾਵਾਂ ਦੇ ਉੱਤੇ ਨਾਜ਼ੀਆਂ ਦੀ ਫੌਜ ਦੇ ਨਾਲ ਰਲ ਕੇ ਲੋਕਲ ਜਿਹੜੇ ਸਨ ਉਹਨਾਂ ਨੇ ਉਹਨਾਂ ਨੂੰ ਪਰਸੀਕਿਊਟ ਕੀਤਾ। ਪਰ ਇਹਦੇ ਬਾਵਜੂਦ ਸਰਵਾਈਵਲ ਕੀ ਸੀ? ਸਰਵਾਈਵਲ 2 ਚੀਜ਼ਾਂ ਸੀ ਜਿਹੜਾ ਸਾਡਾ ਦੁਸ਼ਮਣ ਚਾਹੁੰਦਾ ਵੀ ਅਸੀਂ ਭੁੱਲ ਜਾਈਏ। ਜਦੋਂ ਵੀ ਕੋਈ ਯਹੂਦੀ ਜੋੜਾ ਵਿਆਹ ਦੀਆਂ ਰਸਮਾਂ ਲਈ ਬੈਠਦਾ ਸੀ, ਉਹ ਕਹਿੰਦਾ ਸੀ ਐ ਫਲਸਤੀਨ, ਫਲਾਂ ਦੇ ਦੇਸ਼, ਮੈਂ ਤੈਨੂੰ ਭੁੱਲਿਆ ਨਹੀਂ। ਜਦੋਂ ਵੀ 2 ਯਹੂਦੀ ਮਿਲ ਕੇ ਆਪਸ 'ਚ ਵਿਛੜਦੇ ਸੀ, ਉਹ ਕਹਿੰਦੇ ਸੀ ਨੈਕਸਟ ਈਅਰ ਇਨ ਜੈਰੂਸ਼ਲਮ, ਅਗਲੇ ਸਾਲ ਅਸੀਂ ਜੈਰੂਸ਼ਲਮ 'ਚ ਮਿਲਾਂਗੇ। ਔਰ ਹਰ ਯਹੂਦੀ ਮਾਂ ਆਪਣੇ ਬੱਚਿਆਂ ਨੂੰ ਆਪਣੀ ਜ਼ਬਾਨ ਹਿਬਰੀ ਦੇ ਨਾਲ ਵੀ ਜੋੜਦੀ ਸੀ ਤੇ ਸੌਣ ਲੱਗਿਆਂ ਉਹਦੇ ਕੰਨਾਂ 'ਚ ਕਹਿੰਦੀ ਸੀ ਕਿ ਪੁੱਤਰ, ਪੁੱਤਰੀ, ਕੱਲ ਜਦੋਂ ਤੂੰ ਸਵੇਰੇ ਉੱਠੇਗਾ ਜਾਂ ਉੱਠੇਗੀ ਤੇ ਧਰਤੀ ਤੇ ਤੇਰਾ ਵੀ ਰਾਜ ਹੋਏਗਾ, ਤੇਰਾ ਵੀ ਮੁਲਕ ਹੋਏਗਾ। ਅੱਜ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡਾ ਇਹ 42 ਸਾਲਾਂ ਦਾ ਸੰਘਰਸ਼ ਉਸ ਨੇ ਸਾਨੂੰ ਇੰਟਰਨੈਸ਼ਨਲ ਰਡਾਰ ਤੇ ਲੈ ਆਂਦਾ। ਖਾਲਿਸਤਾਨ ਦੀ ਸਟਰਗਲ ਦੇ ਹਵਾਲੇ ਨਾਲ ਇੱਕ ਐਕਟਿਵਿਸਟ ਹੋਣ ਦੇ ਨਾਤੇ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਦੁਨੀਆ ਦੇ ਵਿੱਚ ਜਿੰਨੀਆਂ ਤੁਸੀਂ ਰੈਵੋਲੂਸ਼ਨਰੀ ਮੂਵਮੈਂਟਸ ਦੇਖਦੇ ਹੋ, ਜੇ ਆਡਸ ਦੇਖੋ ਸਾਡੇ ਖਿਲਾਫ ਕਿੰਨੇ ਨੇ। ਆਬਾਦੀ ਵਾਈਜ਼ ਅਸੀਂ ਇੱਕ ਮਿਨਿਸਕਿਊਲ ਸਾਡੀ ਪੋਪੂਲੇਸ਼ਨ ਹੈ। ਸਾਡੀਆਂ ਇੰਸਟੀਟਿਊਸ਼ਨਸ ਬਿਫੋਰ ਕੰਪਰੋਮਾਈਜ਼ ਸੀ। ਜੂਨ 84 ਦੇ ਘੱਲੂਘਾਰੇ ਵੇਲੇ ਕਿਹਦਾ ਕੀ ਰੋਲ ਰਿਹਾ ਹੁਣ ਕੋਈ ਵੱਖਰੀ ਗੱਲ ਨਹੀਂ ਹੈ। ਔਨ ਰੈਕਰਡ ਹੈ ਕਿ 18 ਤੋਂ ਜ਼ਿਆਦਾ ਮੀਟਿੰਗਸ ਜਿਹੜਾ ਨੇ ਧਰਮਯੁੱਧ ਮੋਰਚਾ ਲਾਇਆ ਹੋਇਆ ਸੀ। ਇੱਕ ਪਾਸੇ ਮਰਜੀਵੜਿਆਂ ਦੀ ਲਿਸਟ ਵਿੱਚ 2 ਲੱਖ ਬੰਦਿਆਂ ਦਾ ਨਾਂ ਸੀ ਤੇ ਉਹੀ ਲੀਡਰਸ਼ਿਪ ਅਕਾਲੀਆਂ ਦੀ ਕਿਤੇ ਪ੍ਰਾਈਮ ਮਿਨਿਸਟਰ ਦੇ ਨਾਲ ਮੀਟਿੰਗ ਕਰ ਰਹੀ ਸੀ, ਕਿਤੇ 에ਅਰਪੋਰਟ ਲਾਉਂਜ ਤੇ ਕਰ ਰਹੇ ਸੀ, ਕਿਤੇ ਹੋਮ ਮਿਨਿਸਟਰ ਦੇ ਘਰ 'ਚ ਕਰ ਰਹੇ ਸੀ। ਇਹਦੇ ਬਾਵਜੂਦ ਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਜੋ ਕ੍ਰਿਸ਼ਮਾ ਕਰਕੇ ਦਿਖਾਇਆ, ਮਿਰੈਕਲ, ਇਸ ਨੂੰ ਹੀ ਕਹਿੰਦੇ ਨੇ ਕਿ ਕੁਝ ਚੰਦ ਡਜ਼ਨ ਸਿੰਘਾਂ ਸਿੰਘਣੀਆਂ ਨੇ
ਜਿਵੇਂ 72 ਘੰਟੇ ਟੈਂਕਾਂ ਤੋਪਾਂ ਦਾ ਮੁਕਾਬਲਾ ਕੀਤਾ ਹੈ ਔਰ ਦੁਸ਼ਮਣ ਦੇ ਜਰਨੈਲ ਦੇ ਲਫ਼ਜ਼ ਨੇ ਗਿਵਿੰਗ ਦਾ ਐਡਵਰਸਰੀ ਹਿਸ ਡਿਊ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝਣਾ। ਔਰ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਸੰਤ ਭਿੰਡਰਾਂ ਵਾਲਿਆਂ ਦਾ ਇਹ ਵਿਸ਼ਵਾਸ, ਕਿਉਂਕਿ ਅਸੀਂ ਸਿੱਖ ਹੋਣ ਦੇ ਨਾਤੇ ਅਸੀਂ ਮੰਨਦੇ ਹਾਂ ਦੇਸ਼ ਕਾਲ ਟਾਈਮ ਐਂਡ ਸਪੇਸ ਇਹ ਅਕਾਲ ਪੁਰਖ ਦੇ ਕੋਲ ਨੇ। ਅਕਾਲ ਪੁਰਖ ਨੇ ਹੀ ਇਹ ਸਾਰੀ ਸ੍ਰਿਸ਼ਟੀ ਨਹੀਂ ਸਾਰਾ ਬ੍ਰਹਿਮੰਡ ਦੀ ਰਚਨਾ ਕੀਤੀ ਹੋਈ ਹੈ। ਹਾਂ, ਇੱਕ ਗੱਲ ਅਸੀਂ ਦਾਅਵੇ ਨਾਲ ਇਹ ਕਹਿ ਸਕਦੇ ਹਾਂ ਕਿ ਇਹਨਾਂ 42 ਵਰ੍ਹਿਆਂ ਦੇ ਵਿੱਚ, 42 ਫਿਗਰ ਮੈਂ ਬਾਰ-ਬਾਰ ਇਸ ਲਈ ਇਸਤੇਮਾਲ ਕਰ ਰਿਹਾ ਕਿ 15 ਅਗਸਤ 1947 ਤੋਂ ਜੂਨ ਦੇ ਪਹਿਲੇ ਹਫ਼ਤੇ 1984 ਤੱਕ 37 ਵਰ੍ਹੇ ਸਿੱਖ ਕੌਮ ਨੇ ਹਰ ਸੰਭਵ ਯਤਨ ਕੀਤਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇੰਡੀਅਨ ਸਟੇਟ ਦੇ ਨਾਲ ਅਸੀਂ ਆਪਣੀ ਤਹਿਜ਼ੀਬ, ਆਪਣਾ ਮਜ਼ਹਬ, ਆਪਣੀ ਬੋਲੀ, ਆਪਣਾ ਸੱਭਿਆਚਾਰ, ਆਪਣੀ ਇਕਨੋਮੀ ਇਹ ਸੇਵ ਕਰਦੇ ਹਾਂ, ਇੱਜ਼ਤ ਦੇ ਨਾਲ ਰਹਿ ਸਕੀਏ। ਲਾਸਟ ਅਟੈਂਪਟ ਧਰਮ ਯੁੱਧ ਮੋਰਚਾ ਸੀ, ਅਨੰਦਪੁਰ ਸਾਹਿਬ ਦਾ ਮਤਾ ਔਰ ਸੰਤ ਭਿੰਡਰਾਂ ਵਾਲਿਆਂ ਦੇ ਇਹ ਅਲਫਾਜ਼, ਕਿਉਂਕਿ ਇਹ ਵੀ ਕਿਸੇ ਵੇ ਇਕੱਠ ਦੇ ਵਿੱਚ ਕਿਸੇ ਨੇ ਕਿਹਾ ਕਿ ਜੀ ਜੇ ਸੰਤ ਭਿੰਡਰਾਂ ਵਾਲੇ ਨਾ ਕਹਿੰਦੇ ਕਿ ਜੀ ਜਿੱਦਣ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ, ਫਿਰ ਅਸੀਂ ਖਾਲਿਸਤਾਨ ਨਹੀਂ ਸੀ ਕਹਿਣਾ। ਇਹ ਬਿਲਕੁਲ ਬੇਮਤਲਬ ਇਸ ਕਿਸਮ ਦੀਆਂ ਗੱਲਾਂ ਨੇ। ਉਹ ਕੰਟੈਕਸਚੁਅਲਾਈਜ਼ ਕੀਤਾ ਉਹਨਾਂ ਨੇ ਕਿ ਭਾਈ ਅਸੀਂ 47 'ਚ ਤੁਹਾਡੇ ਨਾਲ ਆਏ, ਤੁਸੀਂ ਸਾਡੇ ਨਾਲ ਲਗਾਤਾਰ ਧੱਕਾ ਕਰ ਰਹੇ ਹੋ। ਇਹ ਸਾਡਾ ਅਟੈਂਪਟ ਹੈ ਅਨੰਦਪੁਰ ਦੇ ਮਤੇ ਨਾਲ ਆਟੋਨਮੀ ਦੇ ਵਿੱਚ ਰਹਿ ਕੇ ਵਿਦਨ ਦਾ ਸਿਸਟਮ ਜਿਹਦੇ 'ਚ ਕਿ ਡਿਫੈਂਸ, ਫੋਰਨ ਅਫੇਅਰਸ, ਕਮਿਊਨੀਕੇਸ਼ਨ, ਕਰੰਸੀ, ਜਿਹੜਾ ਸਪਿਰਿਟ ਸੀ ਕੈਬਨਿਟ ਮਿਸ਼ਨ ਦੀ, ਜਿਹੜੀ ਸਪਿਰਿਟ ਸੀ ਜਿਸ ਦੇ ਥੱਲੇ ਗੱਲਬਾਤ ਵੀ ਤੁਰੀ, ਜਦੋਂ ਕਿ 2 ਮਿਸ਼ਨ ਜਿਹੜੇ ਨੇ ਟਾਈਮ ਸਿਰ ਅੰਗਰੇਜ਼ਾਂ ਨੇ ਭੇਜੇ, ਉਹਨਾਂ ਦੇ ਵਿੱਚ ਖਾਸ ਤੌਰ ਤੇ ਕੈਬਨਿਟ ਮਿਸ਼ਨ ਦਾ ਜ਼ਿਕਰ ਹੁੰਦਾ ਹੈ। ਲੇਕਿਨ ਜੇ ਭਾਰਤੀ ਫੌਜ ਹਮਲਾਵਰ ਹੋਈ, ਇੰਡੀਅਨ ਸਟੇਟ ਨੇ ਸਾਡੇ ਮੁਕੱਦਸ, ਸਾਡੇ ਸੈਂਕਟਮ ਸੈਂਕਟੋਰਮ, ਸਾਡੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਅਕਾਲ ਤਖਤ ਤੇ ਫੌਜ ਚਾੜੀ, ਫਿਰ ਸਾਡੀ ਉਹ ਫਾਈਨਲ ਵਾਟਰਸ਼ੈਡ ਹੋਏਗੀ ਸਿੱਖ ਕੌਮ ਤੇ ਇੰਡੀਅਨ ਸਟੇਟ ਦੀ ਰਿਲੇਸ਼ਨਸ਼ਿਪ ਦੇ ਵਿੱਚ। ਉਹ ਉਹਨਾਂ ਨੇ ਹਾਕਮਾਂ ਨੇ ਕੀਤਾ ਹੀ ਨਹੀਂ ਕੀਤਾ। ਅੱਜ 42 ਵਰ੍ਹਿਆਂ 'ਚ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਗੰਦੇ ਹੱਥ ਪੈਸੀਫਿਕ ਓਸ਼ਨ ਨੂੰ ਪਾਰ ਕਰਕੇ, ਐਟਲਾਂਟਿਕ ਓਸ਼ਨ ਨੂੰ ਪਾਰ ਕਰਕੇ ਉਹ ਲਾਹੌਰ ਦੇ ਵਿੱਚ 6 ਮਈ 2023 ਨੂੰ ਭਾਈ ਪਰਮਜੀਤ ਸਿੰਘ ਪੰਜਵੜ ਦਾ ਕੋਲਡ ਬਲੱਡਡ ਮਰਡਰ ਹੋਏ। ਉਹ 15 ਜੂਨ 2023 ਨੂੰ ਬਰਮਿੰਗਮ ਯੂਕੇ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦਾ ਪੁਆਇਜ਼ਨਿੰਗ ਨਾਲ ਮਰਡਰ ਹੋਏ, ਜਾਂ 18 ਜੂਨ 2023 ਨੂੰ ਸਰੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਹੋਏ। ਇਹ ਟਰਾਂਸਨੈਸ਼ਨਲ ਰਿਪਰੈਸ਼ਨ, ਉਹਨਾਂ ਨੇ ਡਾਇਸਪੋਰਾ ਸਿੱਖਾਂ ਨੂੰ ਵੀ ਮੈਸੇਜ ਦਿੱਤਾ ਹੈ ਕਿ ਭਾਈ ਅਸੀਂ ਤੁਹਾਡੀ ਇੰਡੀਪੈਂਡੈਂਸ ਦੀ ਆਵਾਜ਼ ਨੂੰ ਬਾਹਰ ਨਹੀਂ ਨਿਕਲਣ ਦੇਣਾ। ਪਰ ਇਸ ਸਭ ਦੇ ਬਾਵਜੂਦ ਅੱਜ ਜਿਸ ਉਤਸ਼ਾਹ ਦੇ ਨਾਲ ਤੁਸੀਂ ਸ਼ਮੂਲੀਅਤ ਕੀਤੀ ਹੈ, ਮੈਂ ਆਲਮੋਸਟ ਹਰ ਸਾਲ ਇਸ ਦਾ ਹਿੱਸਾ ਬਣਦਾ। ਮੈਂ ਦੇਖਦਾ ਕਿ ਸਾਡੇ ਯੂਥ, ਨੌਜਵਾਨੀ ਔਰ ਜਿਹੜਾ ਨੈਰੇਟਿਵ ਹੈ, ਇੱਕ ਪੀਰੀਅਡ ਸੀ ਮੈਨੂੰ ਯਾਦ ਹੈ ਕਿ ਨਵੰਬਰ 1991 ਦੇ ਵਿੱਚ ਐਜ਼ ਏ ਸਪੋਕਸਪਰਸਨ ਪੰਥਕ ਕਮੇਟੀ ਜਦੋਂ ਮੈਂ ਸੇਵਾ ਸ਼ੁਰੂ ਕੀਤੀ ਤੇ ਪ੍ਰੈਸ ਰਿਲੀਜ਼ ਆ ਰਿਹਾ ਪੰਥਕ ਕਮੇਟੀ ਵੱਲੋਂ ਜਾਂਦੀ ਸੀ ਤੇ ਤੁਸੀਂ ਇੰਟਰਨੈਟ ਤੇ ਜਾ ਕੇ ਦੇਖਦੇ ਸੀ, ਕੋਈ ਰੈਫਰੈਂਸ ਨਹੀਂ ਸੀ ਕਿ ਤੁਸੀਂ ਕਿਹਨੂੰ ਕੋਟ ਕਰੋ। ਜੋਇਸ ਪੈਡੀਗਰੂ ਯੂਕੇ ਦੀ ਸਕਾਲਰ ਸੀ ਜਿਹੜੀ ਸੰਤ ਭਿੰਡਰਾਂ ਵਾਲਿਆਂ ਨੂੰ ਉਹਨੇ ਇੰਟਰਵਿਊ ਕੀਤਾ ਹੋਇਆ ਸੀ, ਉਹਦੀ ਕਿਤਾਬ ਸੀ, ਉਹਦੇ 'ਚੋਂ ਅਸੀਂ 1-2 ਪੈਰਾਗ੍ਰਾਫ ਪਿਕ ਕਰਕੇ ਜਿਹਦੇ 'ਚ ਉਹਨੇ ਕਿਹਾ ਸੀ ਕਿ ਜਿਹੜਾ ਜੂਨ 84 ਦਾ ਹਮਲਾ ਹੈ ਇਹ ਸਿੱਖ ਕੌਮ ਦੇ ਹੱਤੇ ਹਮਲਾ ਨਹੀਂ ਹੈ, ਇਹ ਸਿੱਖ ਸਿਵਲਾਈਜੇਸ਼ਨ, ਸਿੱਖ ਸੱਭਿਆਚਾਰ, ਸਿੱਖ ਹਿਸਟਰੀ, ਟੋਟਲ ਵਾਰ ਹੈ ਸਿੱਖਾਂ ਦੇ ਉੱਤੇ। ਅੱਜ ਜਿੰਨੀ ਤੁਸੀਂ ਦੇਖਦੇ ਹੋ, ਜਿੰਨੀ ਜ਼ਿਆਦਾ ਜਾਣਕਾਰੀ ਹੈ, ਕਿਤਾਬ ਕੌਰਨਾਮਾ ਰਿਲੀਜ਼ ਹੋਈ, ਬਹੁਤ ਵਾਰ ਮੈਨੂੰ ਇਹ ਹਮੇਸ਼ਾ ਇਹ ਲੱਗਦਾ ਸੀ ਕਿ ਸਿੰਘਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਅਸੀਂ ਕਰਦੇ ਹਾਂ, ਸਾਡੇ ਢਾਡੀ ਕਵੀਸ਼ਰ ਬਹੁਤ ਕੁਝ ਸੀਨਾ ਬਸੀਨਾ ਸਾਡੇ ਕੋਲ ਹੈ, ਪਰ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ ਸਿੰਘਣੀਆਂ ਦੀ। ਇਹ ਜਦੋਂ ਭਾਈ ਦਲਜੀਤ ਸਿੰਘ ਜਿਹੜੇ ਮੂਵਮੈਂਟ ਦੇ ਜਿਹੜੇ ਨੇ ਉਹ ਰਹਿਨੁਮਾ ਸਨ, ਉਹਨਾਂ ਨੇ ਆਪਣੀਆਂ ਲਿਖਤਾਂ ਦੇ ਵਿੱਚ ਇਸ ਨੂੰ ਹਾਈਲਾਈਟ ਕੀਤਾ ਔਰ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਜੇ 18ਵੀਂ ਸਦੀ ਦੇ ਅੰਦਰ ਜਿਹੜੀਆਂ ਕੁਰਬਾਨੀਆਂ 'ਚੋਂ ਸਾਡੀ ਅਰਦਾਸ ਨਿਕਲੀ, ਉਹਦੇ 'ਚ ਪਹਿਲੇ ਸ਼ਬਦ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ
ਸੀਸ ਦਿੱਤੇ, ਬੰਦ ਸੋ ਇਹ ਜਿਹੜੇ ਤਸੀਹੇ ਸਨ ਜਾਂ ਇਕੱਲੇ ਸਿੰਘਾਂ ਦੇ ਹਿੱਸੇ ਹੀ ਨਹੀਂ ਸੀ ਆਏ ਕਿ ਉਹਨਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਉਸ ਪੀਰੀਅਡ 'ਚ ਵੀ ਸਿੰਘਣੀਆਂ ਦਾ ਬਹੁਤ ਵੱਡਾ ਰੋਲ ਸੀ। ਔਰ ਅੱਜ ਦੇ ਸਾਡੇ ਸੰਘਰਸ਼ ਦੇ ਵਿੱਚ ਵੀ ਜਿਨ੍ਹਾਂ ਪਰਿਵਾਰਾਂ ਨੇ ਪਨਾਹ ਦਿੱਤੀ, ਔਰ ਬਹੁਤ ਚੰਗੀ ਗੱਲ ਹੈ ਹਰ ਸਾਲ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਬਹੁਤ ਸਾਰੇ ਫੈਕਟ ਹਿਸਟਰੀ ਦੇ ਉਹ ਸਾਹਮਣੇ ਆ ਰਹੇ ਨੇ, ਬਹੁਤ ਸਾਰਾ ਨੈਰੇਟਿਵ ਓਰਲ ਹਿਸਟਰੀ ਰਾਹੀਂ ਸਾਹਮਣੇ ਆ ਰਿਹਾ ਹੈ। ਜਿਵੇਂ ਭਾਈ ਮਹਿਲ ਸਿੰਘ ਜੀ ਬੱਬਰ, ਜਿਸ ਦਿਨ ਉਹਨਾਂ ਨੇ ਚੜ੍ਹਾਈ ਕੀਤੀ, TV 84 ਦੇ ਮਾਧਿਅਮ ਰਾਹੀਂ ਉਹਨਾਂ ਨੂੰ ਟ੍ਰਿਬਿਊਟ ਦਿੰਦੇ ਮੇਰੀਆਂ ਅੱਖਾਂ 'ਚ ਅੱਥਰੂ ਸੀ। ਮੈਂ ਕਿਹਾ ਵੀ ਹਾਲਾਂ ਉਹਨਾਂ ਦਾ ਨਾਂ ਬਹੁਤਾ ਪ੍ਰਚਲਿਤ ਨਹੀਂ ਸੀ, ਉਹ ਕੁਆਇਟ ਰਹਿਣ ਵਾਲੇ ਸਨ, ਲਾਹੌਰ 'ਚ ਰਹਿੰਦੇ ਆ ਵੀ ਨਨਕਾਣਾ ਸਾਹਿਬ ਰਹੇ, ਜ਼ਿਆਦਾ ਭਾਈ ਸੁਖਦੇਵ ਸਿੰਘ ਬੱਬਰ ਜਾਂ ਭਾਈ ਵਧਾਵਾ ਸਿੰਘ ਬੱਬਰ ਦਾ ਜ਼ਿਕਰ ਸੀ। ਪਰ ਇਹ ਜਿਹੜੀ ਤੁਸੀਂ 2 ਮਿੰਟ ਦੀ ਡਾਕੂਮੈਂਟਰੀ ਜਿਹੜੀ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਇਹ ਇਤਿਹਾਸ ਦੇ ਵਿਦਿਆਰਥੀਆਂ ਨੂੰ ਦੱਸ ਦਿੱਤਾ ਹੈ ਕਿ ਸਿੱਖਾਂ ਦੇ ਵਿੱਚ ਕਿਸ ਲੈਵਲ ਦੀ ਕਲਾ ਹੈ, ਕਿਸ ਲੈਵਲ ਦਾ ਸਾਇੰਟੀਫਿਕ ਐਕੂਮੈਨ ਹੈ। ਤੋਪਾਂ ਬਣਾਉਣੀਆਂ, ਗਰਨੇਡ ਬਣਾਉਣੇ, ਪਿਸਤੌਲ ਬਣਾਉਣੇ, ਉਹ ਇਸ ਇੱਕ ਕਮਰੇ ਦੇ ਵਿੱਚ ਇਹ ਯਾਦ ਦਹਾਨੀ ਕਰਵਾਉਂਦਾ। ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਾਂ, ਸਰਦਾਰ ਲਹਿਣਾ ਸਿੰਘ ਮਜੀਠੀਆ ਵਰਗਾ ਸਾਇੰਸਦਾਨ ਅੱਜ ਵੀ ਤੁਸੀਂ ਧੁੱਪ ਘੜੀ ਹਰਮੰਦਰ ਸਾਹਿਬ 'ਚ ਦੇਖਦੇ ਹੋ, ਇੰਨੀਆਂ ਕੱਢ, ਔਰ ਜਿਹੜੇ ਆਪਣੀਆਂ ਤੋਪਾਂ ਆਪਣਾ ਅਸਲਾ ਬਣਾਇਆ। ਜਦੋਂ ਪਹਿਲੀ ਐਂਗਲੋ ਸਿੱਖ ਵਾਰ ਹੋਈ, ਅੰਗਰੇਜ਼ ਹਿਸਟੋਰੀਅਨਸ ਨੇ ਕਿਹਾ ਕਿ ਜਿੰਨੀ ਐਕੂਰੇਟ ਮਾਰ ਸਿੱਖ ਤੋਪਾਂ ਦੀ ਸੀ, ਇੰਨੀਆਂ ਸਾਡੀਆਂ ਤੋਪਾਂ ਦੀ ਵੀ ਨਹੀਂ ਸੀ। ਸਿੱਖ ਕੌਮ ਮੁਕੰਮਲ ਹੈ। ਸਾਨੂੰ ਗੁਰੂ ਨੇ ਸਾਡੀ ਪ੍ਰੋਗਰਾਮਿੰਗ 10 ਗੁਰੂ ਸਾਹਿਬਾਨ ਨੇ ਕੀਤੀ ਹੋਈ ਹੈ। ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਖਾਲਸਾ, ਜਿਸ ਪ੍ਰਥਾ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ, ਓਤ ਪੋਤ ਸਾਗਰ ਬੁੰਦੇਰੋ। 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰਦਾਰ ਕਪੂਰ ਸਿੰਘ, ਜਿਨ੍ਹਾਂ ਦੀ ਸਾਚੀ ਸਾਖੀ ਇਸ ਗੱਲ ਦੀ ਗਵਾਹੀ ਹੈ ਕਿ ਸਟੋਰੀ ਆਫ ਬਿਟਰੇਅਲਸ ਕੀ ਹੈ। ਉਹਨਾਂ ਨੇ ਉਹ ਵੀ ਜਦੋਂ ਉਦਾਸ ਵੀ ਹੋ ਜਾਂਦੇ ਸੀ, ਕਈ ਵਾਰ ਗੱਲ ਕਰਦੇ ਉਹਨਾਂ ਦੀਆਂ ਅੱਖਾਂ 'ਚੋਂ ਅਥਰੂ ਵਗਣ ਲੱਗ ਜਾਂਦੇ ਸੀ, ਫਿਰ ਇੱਕਦਮ ਚਾਅ ਕੇ ਕਹਿੰਦੇ ਸੀ ਨਹੀਂ, ਸਿੱਖ ਕੌਮ ਨੇ ਬੇਘਰੇ ਨਹੀਂ ਹੋਣਾ, ਬੇਘਰੇ ਨਹੀਂ ਰਹਿਣਾ। ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਖਾਲਸੇ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ, ਸਤਿਗੁਰੂ ਰਹਿਮਤ ਕਰਨ। ਇਹ ਸਾਡਾ ਖਾਲਸਾਈ ਕਾਫਲਾ। ਔਰ ਮੈਂ ਕਨਕਲੂਜਨ 'ਚ ਜ਼ਰੂਰ ਰਿਮਾਈਂਡ ਕਰਵਾਉਣਾ ਚਾਹੁੰਦਾ ਕਿ ਇੰਡੀਵਿਜੂਅਲੀ ਅਸੀਂ ਬਹੁਤ ਕਾਮਯਾਬ ਹੈ। ਜਿਹੜਾ ਸਿੱਖ ਜਿੱਥੇ ਬੈਠਾ ਹੈ, ਉਹ ਕੁਝ ਅੱਜ ਵੀ 3 ਸਿੰਘ ਜਿਨ੍ਹਾਂ ਨਾਲ ਗੁਫ਼ਤਗੂ ਹੋ ਰਹੀ ਸੀ, ਮੈਂ ਕਿਹਾ ਵੀ ਇਹ ਕਮਾਲ ਹੈ ਕਿ ਕਿਵੇਂ ਸਾਡੇ ਨੌਜਵਾਨ ਉੱਥੋਂ ਨਿਕਲਦੇ ਨੇ, ਦੁਬਈ, ਯੂਰਪ, ਵਾਇਆ ਸਾਊਥ ਅਮਰੀਕਾ, ਅਮਰੀਕਾ, ਕੈਨੇਡਾ ਪਹੁੰਚਦੇ ਨੇ, ਕਿਵੇਂ ਮਿਹਨਤ ਕਰਕੇ ਤੁਸੀਂ ਇਸ ਧਰਤੀ ਤੇ ਫਰਮ ਰੈਗਸ ਟੂ ਰਿਚਿਸ ਦੀ ਕਹਾਣੀ, ਅਮਰੀਕਨ ਡ੍ਰੀਮ ਦੀ ਕਹਾਣੀ ਕਿੰਨਿਆਂ ਨੇ ਦੁਹਰਾਈ ਹੈ। ਇੰਡੀਵਿਜੂਅਲੀ ਅਸੀਂ ਬਹੁਤ ਕਾਮਯਾਬ ਹੈ, ਪਰ ਅਨਫੋਰਚੂਨੇਟਲੀ ਜਿੱਥੇ ਸਾਡੀ ਕਲੈਕਟਿਵ ਵਰਕਿੰਗ ਹੁੰਦੀ ਹੈ, ਜਿੱਥੇ ਸਾਡੀਆਂ ਸਾਂਝਾਂ ਦੇ ਨਾਲ ਕੁਝ ਕਰਨ ਦੀ ਗੱਲ ਹੁੰਦੀ ਹੈ, ਉੱਥੇ ਸਾਡੀ ਈਗੋ ਦਾ ਟਕਰਾਅ ਹੁੰਦਾ ਹੈ। ਸ਼ਾਇਦ ਸਾਡੀ ਇੰਡੀਵਿਜੂਅਲ ਸਕਸੈਸ ਦਾ ਕਾਰਨ ਜਿਹੜਾ ਐਗਰੈਸਿਵ ਬਿਹੇਵੀਅਰ ਹੈ, ਉਹ ਕਲੈਕਟਿਵ ਵਰਕਿੰਗ ਦੇ ਵਿੱਚ ਇੱਕ ਵੱਡੀ ਰੁਕਾਵਟ ਬਣਦਾ ਹੈ। ਪਰ ਇਸ ਵੇਲੇ ਸਾਡੇ ਸਾਹਮਣੇ ਚੈਲੰਜ ਬਹੁਤ ਵੱਡੇ ਘੱਲੂਘਾਰੇ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਜਿਹੜੇ ਅੱਡ ਮਿਸਲਦਾਰ ਸੀ, ਉਹਨਾਂ ਨੇ ਕਿਹਾ ਜੀ ਸਟ੍ਰੈਟਜੀ ਕੀ ਬਣਾਈਏ, ਤੇ ਉਹਨਾਂ ਨੇ ਕਿਹਾ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਹ ਵੇਲਾ ਇਹ ਦੇਖਣ ਦਾ ਨਹੀਂ ਹੈ ਵੀ ਕਿਹਦਾ ਝੰਡਾ ਤਾਂ ਹੈ, ਕਿਹੜੀ ਜਥੇਬੰਦੀ ਨੇ ਪਹਿਲਾਂ ਕੀ ਕੀਤਾ ਤੇ ਕੀ ਨਹੀਂ ਕੀਤਾ। ਇਸ ਵੀ ਭਾਵਨਾ ਤੋਂ ਬਚੀਏ ਕਿ ਜਿੱਥੋਂ ਅਸੀਂ ਸ਼ੁਰੂ ਕਰਦੇ ਹਾਂ, ਪੁਰਾਣਿਆਂ ਨੂੰ ਅਸੀਂ ਕਹੀਏ ਜੀ ਉਹਨਾਂ ਨੇ ਤਾਂ ਹਾਸਿਲ ਹੀ ਕੁਛ ਨਹੀਂ ਕੀਤਾ, ਇਹ ਸ਼ੁਰੂਆਤ ਨਹੀਂ, ਇਵੇਂ ਨਹੀਂ ਹੈ। ਇਹ ਗੁਰੂ ਨੇ ਜੇ ਸਾਡੇ ਸਿਰ ਤੇ ਮੇਰਾ ਭਰਿਆ ਹੱਥ ਰੱਖਿਆ, ਕਿਸ ਨੂੰ ਗੁਰੂ ਨੇ ਭਾਈ ਬਚਿੱਤਰ ਸਿੰਘ ਬਣਾਉਣਾ, ਕਿਹਦੀ ਹਉਮੈ ਨੇ ਦੁਨੀ ਚੰਦ ਬਣਾ ਕੇ ਮੈਦਾਨ 'ਚੋਂ ਭਜਾ ਦੇਣਾ, ਇਹ ਗੁਰੂ ਦੀ ਰਹਿਮਤ ਹੈ। ਅਸੀਂ ਜਿੱਥੇ ਵੀ ਹੈ, ਵੀ ਐਗਰੀ ਟੂ ਡਿਸਐਗਰੀ, ਜਿਹੜਾ ਬੇਸਿਕ ਅਮਰੀਕਨ ਥਾਟ ਹੈ ਕਿ ਅਸੀਂ ਅਸਹਿਮਤ ਹੁੰਦੇ ਹੋਏ ਵੀ ਸਹਿਮਤ ਹੋ ਸਕਦੇ ਹਾਂ। ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ, ਅਸੀਂ ਸਾਰਾ ਖਾਲਸਾ ਕਲੈਕਟਿਵ ਸਟਰੈਂਥ ਦੇ ਤੌਰ ਦੇ ਉੱਤੇ ਉਦੋਂ ਤੱਕ ਸਟਰਾਈਵ ਕਰਾਂਗੇ ਆਪਣੀ ਮੰਜ਼ਿਲੇ ਮਕਸੂਦ ਖਾਲਿਸਤਾਨ ਦੇ ਲਈ, ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਨਹੀਂ ਬਣ ਜਾਂਦੇ।
ਇੱਕ ਐਕਟਿਵਿਸਟ ਹੋਣ ਦੇ ਨਾਤੇ 5 ਬੁਲੰਦ ਨਾਅਰੇ, ਕਿਉਂਕਿ ਇਹ ਮੈਸੇਜ ਹੈ। ਬਹੁਤ ਸਾਰਿਆਂ ਨੂੰ ਲੱਗਦਾ ਹੁੰਦਾ ਜੀ ਖਾਲਿਸਤਾਨ ਦੇ ਨਾਅਰੇ ਲਾਉਣ ਨਾਲ ਤੇ ਖਾਲਿਸਤਾਨ ਨਹੀਂ ਬਣ ਜਾਂਦਾ। ਇਹ ਤੁਹਾਡਾ ਰਿਜ਼ੋਲਵ ਹੈ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਤੁਹਾਡੇ ਰਿਜ਼ੋਲਵ ਨੂੰ ਰਿਪਰੈਜ਼ੈਂਟ ਕਰਦੇ ਨੇ। 5 ਬੁਲੰਦ ਨਾਅਰੇ ਉਸ ਅਕਾਲ ਤਖਤ ਦਾ ਧਿਆਨ ਆਪਣੇ ਅੰਦਰਲੇ ਮਨ ਦੀਆਂ ਅੱਖਾਂ ਦੇ ਨਾਲ ਧਰਦੇ ਆ, ਜਿਹਨੂੰ ਜੂਨ 84 ਦੇ ਵਿੱਚ ਖੰਡਰਾਤ ਬਣਾ ਦਿੱਤਾ ਗਿਆ ਸੀ, ਜਿਹਨੂੰ ਇੰਡੀਅਨ ਆਰਮੀ ਨੇ ਆਪਣੀ ਆਕੂਪਾਈਡ ਟੈਰੀਟਰੀ ਸਮਝਿਆ ਸੀ। ਬੇਸ਼ੱਕ ਖਾਲਸੇ ਨੇ ਸਰਕਾਰ ਦਾ ਬਣਾਇਆ ਤਖਤ ਢਾਹ ਕੇ ਆਪਣਾ ਬਣਾਇਆ, ਪਰ ਅੱਜ ਵੀ ਉਸ ਅਕਾਲ ਤਖਤ ਤੋਂ ਹੀ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ 5 ਮੈਂਬਰੀ ਪੰਥਕ ਕਮੇਟੀ ਬਣਾਈ ਸੀ, ਜਿਨ੍ਹਾਂ ਨੇ ਖਾਲਿਸਤਾਨ ਦੇ ਐਲਾਨਨਾਮੇ ਦੇ ਨਾਲ ਸਾਡੀ ਪੋਲੀਟੀਕਲ ਮੰਜ਼ਿਲ ਤੈਅ ਕੀਤੀ ਹੋਈ ਹੈ। ਅਕਾਲ ਤਖਤ ਤੋਂ ਆਈ ਆਵਾਜ਼, 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 ਅਕਾਲ ਤਖਤ ਤੋਂ ਆਈ ਆਵਾਜ਼। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਮੂਹ ਗੁਰਦੁਆਰਾ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬੜੇ ਸੁਚੱਜੇ ਢੰਗ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਇਹ ਸਨ ਡਾਕਟਰ ਅਮਰਜੀਤ ਸਿੰਘ ਜੀ, ਜੋ ਕਿ ਆਪਣੀਆਂ ਕੌਮੀ ਸੰਘਰਸ਼ ਲਈ ਸੇਵਾਵਾਂ ਨਿਭਾ ਰਹੇ ਨੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਮੈਂ ਬੇਨਤੀ ਕਰਾਂ, ਪਹਿਲਾਂ ਵੀ ਬੇਨਤੀ ਕਰ ਚੁੱਕਿਆ ਕਿ ਸਾਡੇ ਇੱਕ ਬੁਲਾਰੇ ਆਉਣ ਤੋਂ ਬਾਅਦ ਜੋ ਸ਼ਹੀਦਾਂ ਦੇ ਪਰਿਵਾਰ ਸਟੇਜ ਤੇ ਬੈਠੇ ਨੇ ਉਹਨਾਂ ਨੂੰ ਸਨਮਾਨ ਕੀਤਾ ਜਾਵੇਗਾ। ਜੇ ਕਿਸੇ ਦਾ ਵੀ ਨਾਂ ਵਿਸਰ ਗਿਆ ਹੋਵੇ ਪਲੀਜ਼ ਸਾਡੇ ਨਾਲ ਕੰਟੈਕਟ ਕਰੋ, ਉਹ ਵੀ ਸਟੇਜ ਤੇ ਆ ਜਾਣ। ਜਿੰਨੇ ਵੀ ਗੁਰੂ ਘਰ ਦੇ ਮੋਹਤਵਰ ਬੰਦੇ ਬੈਠੇ ਨੇ, ਹੋਠੀ ਸਾਹਿਬ ਹੋ ਗਏ, ਜੰਡੀ ਸਾਹਿਬ ਹੋ ਗਏ, ਨਿੱਜਰ ਭਾਜੀ, ਪਲੀਜ਼ ਸਾਰੇ ਜਣੇ ਸਟੇਜ ਤੇ ਆ ਜਾਓ। ਜਿੰਨੇ ਵੀ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਸਾਹਮਣੇ ਬੈਠੇ ਨੇ, ਮੈਂ ਇਕੱਲੇ ਦਾ ਅਨਾਉਂਸ ਕਰਦਾ, ਹੁਣ ਟਾਈਮ ਬਹੁਤ ਲੱਗ ਜਾਊਗਾ। ਇੱਕ ਬੁਲਾਰੇ ਤੋਂ ਬਾਅਦ ਜੋ ਕਿ ਆਪਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਕਰਨਾ ਵਾ। ਟਾਈਮ ਦੀ ਬਹੁਤ ਆਪਣੇ ਕੋਲੇ ਸ਼ਾਰਟੇਜ ਆ, ਪਲੀਜ਼ ਸਟੇਜ ਤੇ ਆ ਜਾਓ ਸਾਰੇ ਜਣੇ। ਇਸ ਤੋਂ ਉਪਰੰਤ ਸਾਡੇ ਭੈਣ ਜੀ ਮਨਦੀਪ ਕੌਰ, ਜੋ ਕਿ ਪੇਸ਼ੇ ਵਜੋਂ ਐਡਵੋਕੇਟ ਨੇ, ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨੇ, ਪ੍ਰਧਾਨ ਨੇ, ਉਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਆ ਕੇ ਉਹ ਵੀ ਆਪਣੀਆਂ ਵਿਚਾਰਾਂ ਆਪ ਜੀ ਦੇ ਸਨਮੁਖ ਸਾਂਝੀਆਂ ਕਰਨ। ਭੈਣ ਜੀ ਨੂੰ ਬੇਨਤੀ ਹੈ ਕਿ 10 ਮਿੰਟ ਦਾ ਟਾਈਮ ਹੈ ਆਪਸੀ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जो तो प्रेम खेलन का चाओ, सिर तर तली गली मेरी आओ, इत मार्ग पैर तरीजे, सिर दीजे कान ना कीजे। आई हुई साध संगत जियो गज के फतेह बुलाओ। वाहिगुरु जी का खालसा, वाहिगुरु जी की फतेह। ਜਿਵੇਂ ਮੇਰੇ ਤੋਂ ਪਹਿਲਾਂ ਜਿੰਨੇ ਵੀ ਮੇਰੇ ਸੀਨੀਅਰ ਬੁਲਾਰਿਆਂ ਨੇ ਤੁਹਾਨੂੰ ਸੰਬੋਧਿਤ ਕੀਤਾ ਹੈ, ਉਹਨਾਂ ਨੇ ਸਾਰੀ ਹਿਸਟਰੀ, ਸਾਰੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਕਿ ਅੱਜ ਆਪਾਂ ਇੱਥੇ ਕਾਹਦੇ ਲਈ ਇਕੱਤਰਿਤ ਹੋਏ ਆ। 2 ਮਹਾਨ ਸ਼ਹੀਦੀ ਸਮਾਗਮ, ਸ਼ਹੀਦੀ ਯਾਦਾਂ, ਉਹ ਸ਼ਹੀਦੀਆਂ ਜਿਨ੍ਹਾਂ ਦੇ ਖੂਨ ਸਾਡੇ ਵਾਸਤੇ ਡੁੱਲੇ, ਆਪਣੀ ਕੌਮ ਵਾਸਤੇ ਡੁੱਲੇ। ਉਹ ਮਹਾਨ ਸ਼ਹੀਦੀਆਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਜੂਨ 1984, ਜਿੱਥੇ ਸ਼ਹੀਦ ਸਿੰਘ ਸਿੰਘਣੀਆਂ, ਭੁਚੰਗੀ, ਛੋਟੇ ਮਾਸੂਮ ਬੱਚੇ ਬੱਚੀਆਂ, ਉਹ ਸ਼ਰਧਾਲੂ ਜਿਹੜੇ ਮੱਥਾ ਟੇਕਣ ਉੱਥੇ ਆਏ ਸੀਗੇ, ਉਹਨਾਂ ਦੀਆਂ ਵੀ ਸ਼ਹਾਦਤਾਂ ਉਸ ਜੂਨ 84 ਦੇ ਵਿੱਚ ਹੋਈਆਂ। ਉਹ ਜ਼ਾਲਮ ਸਰਕਾਰਾਂ ਜਿਨ੍ਹਾਂ ਨੇ ਇਹ ਵੀ ਨਾ ਸੋਚਿਆ ਕਿ ਇਹਨਾਂ ਮਾਸੂਮ ਬੱਚਿਆਂ ਦਾ ਕੀ ਕਸੂਰ ਹੈ। ਸੋ ਉਹਨਾਂ ਸਾਰੇ ਸ਼ਹੀਦਾਂ ਦੀ ਯਾਦ ਨੂੰ ਅੱਜ ਨਮਨ ਕਰਨ ਵਾਸਤੇ ਅਸੀਂ ਸਾਰੇ ਇਕੱਤਰਿਤ ਹੋਏ ਹਾਂ। ਜੂਨ 1984 ਦਾ ਸਾਕਾ ਸਾਰਿਆਂ ਨੂੰ ਪਤਾ ਹੈ। ਜੇ ਅਸੀਂ ਗੱਲ ਕਰੀਏ ਕਿ ਸਿਰਫ ਜੂਨ 1984 ਦੇ ਵਿੱਚ ਜੋ ਹੋਇਆ, ਸਿੱਖ ਜੈਨੋਸਾਈਡ ਹੋਇਆ, ਕਿ ਉਹ ਉੱਥੋਂ ਤੱਕ ਖਤਮ ਹੋ ਗਿਆ ਸੀ? ਨਹੀਂ, ਉਹ ਅੱਜ ਵੀ ਸਾਡੇ ਨਾਲ, ਹੁਣ ਦੇ ਸਮੇਂ ਤੱਕ ਵੀ, ਹੁਣ ਦੀਆਂ ਸਰਕਾਰਾਂ ਵੀ ਸੇਮ ਉਸੇ ਫੁੱਟਪ੍ਰਿੰਟਸ ਤੇ ਚੱਲ ਰਹੀਆਂ ਨੇ ਜਿਹੜੇ ਫੁੱਟਪ੍ਰਿੰਟਸ ਤੇ ਉਦੋਂ ਚੱਲਦੀਆਂ ਸੀਗੀਆਂ। ਫਰਕ ਸਿਰਫ ਇੰਨਾ ਆ ਕਿ ਹੁਣ ਸਾਡੇ ਲੋਕਾਂ ਵਿੱਚ, ਮੈਂ ਵੀ ਤੁਹਾਡੇ ਵਿੱਚ ਹੀ ਆਉਂਦੀ ਆ, ਸਾਡੇ ਲੋਕਾਂ 'ਚ ਅਸੀਂ ਸਮਝਣ ਦੀ ਸ਼ਕਤੀ ਨੂੰ ਘੱਟ ਕਰ ਲਿਆ। ਜਦੋਂ ਗੱਲ ਅਸੀਂ ਰਾਜ ਦੀ ਕਰਦੇ ਆ ਨਾ ਕਿ ਸਾਨੂੰ ਆਪਣਾ ਰਾਜ ਚਾਹੀਦਾ ਹੈ, ਤੇ ਰਾਜ ਵਾਸਤੇ ਸਾਨੂੰ ਕੋਈ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਨੇ। ਕੋਈ ਜ਼ਰੂਰੀ ਨਹੀਂ ਹੁੰਦਾ ਕਿ ਹਰ ਲੜਾਈ
ਤਲਵਾਰਾਂ ਜਾਂ ਡਾਂਗਾਂ ਜਾਂ ਸੋਟਿਆਂ ਜਾਂ ਬੰਬਾਂ ਨਾਲ ਹੀ ਲੜੀ ਜਾਵੇ। ਇਹ ਜਿਹੜੀਆਂ ਲੜਾਈਆਂ ਨੇ ਇਹ ਤੁਹਾਡੇ ਯੋਗਦਾਨ ਦੇ ਨਾਲ ਚੱਲਦੀਆਂ ਨੇ, ਤੇ ਯੋਗਦਾਨ ਤੁਸੀਂ ਹਰ ਤਰੀਕੇ ਦਾ ਪਾ ਸਕਦੇ ਹੋ। ਜਿਹੜੇ ਲਿਖਾਰੀ ਨੇ ਉਹ ਲਿਖ ਕੇ ਪਾ ਸਕਦੇ ਨੇ, ਉਹਨਾਂ ਦੀ ਕਲਮ ਦੇ ਵਿੱਚ ਇੰਨੀ ਜਾਨ ਹੁੰਦੀ ਆ ਕਿ ਉਹ ਆਪਣੀ ਕਲਮ ਦੇ ਨਾਲ ਹੀ ਸਰਕਾਰਾਂ ਦਾ ਸਿਰ ਜਿਹੜਾ ਉਹ ਤੋੜ ਕੇ ਰੱਖ ਦਿੰਦੇ ਆ। ਸਿਰਫ ਇਹ ਨਹੀਂ ਸੋਚਣਾ ਕਿ ਜੇ ਅਸੀਂ ਖਾਲਿਸਤਾਨ ਔਰ ਆਪਣੇ ਰਾਜ ਦੀ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਸਾਨੂੰ ਸਿਰਫ ਔਰ ਸਿਰਫ ਜਿਸਮਾਨੀ ਤਸ਼ੱਦਦ ਸਹਿਣੇ ਪੈਣਗੇ ਜਾਂ ਜਿਸਮਾਨੀ ਕੁਰਬਾਨੀਆਂ ਦੇਣੀਆਂ ਪੈਣਗੀਆਂ। ਬਿਲਕੁਲ ਇਸ ਤਰੀਕੇ ਦਾ ਕੁਝ ਨਹੀਂ ਆ। ਠੀਕ ਹੈ, ਕੁਰਬਾਨੀਆਂ ਦੇ ਰਸਤੇ ਚੁਣਨੇ ਪੈਂਦੇ ਨੇ, ਪਰ ਹੁਣ ਦੇ ਅਜੋਕੇ ਸਮੇਂ ਦੇ ਵਿੱਚ ਤੁਹਾਡੇ ਹੱਥਾਂ ਦੇ ਵਿੱਚ ਪਾਵਰ ਆ, ਬੋਲਣ ਦੀ ਪਾਵਰ ਆ, ਗਾਉਣ ਦੀ ਪਾਵਰ ਆ, ਲਿਖਣ ਦੀ ਪਾਵਰ ਆ। ਅੱਜ ਪੰਜਾਬ ਦੇ ਵਿੱਚ ਕੀ ਹੋ ਰਿਹਾ? ਇੱਕ ਸਾਈਡ ਤੇ ਸਰਕਾਰ ਕਹਿੰਦੀ ਆ ਜੀ ਤੁਹਾਨੂੰ ਸੰਵਿਧਾਨ ਦੇ ਹਿਸਾਬ ਦੇ ਨਾਲ ਬਰਾਬਰ ਦੇ ਅਧਿਕਾਰ ਦਿੱਤੇ ਗਏ ਆ। ਜੇ ਬਰਾਬਰ ਦੇ ਅਧਿਕਾਰ ਸਾਨੂੰ ਮਿਲੇ ਨੇ ਤੇ ਫਿਰ ਰਾਜੀਵ ਗਾਂਧੀ ਦਾ ਕਾਤਲ ਰਿਹਾ ਹੋ ਜਾਂਦਾ ਆ, ਤੇ ਸਾਡੇ ਬੰਦੀ ਸਿੰਘ ਜਿਹੜੇ 40-42 ਸਾਲ ਹੋ ਗਏ ਜਿਨ੍ਹਾਂ ਨੂੰ ਜੇਲ੍ਹਾਂ ਕੱਟਦਿਆਂ ਨੂੰ, ਉਹਨਾਂ ਨੂੰ ਅੱਜ ਤੱਕ ਰਿਹਾਈ ਕਿਉਂ ਨਹੀਂ ਮਿਲੀ? ਜਦੋਂ ਉਹਨਾਂ ਦੇ ਅਗੇਂਸਟ ਕੇਸ ਫਾਈਲ ਕੀਤੇ ਜਾਂਦੇ ਆ ਨਾ ਸਰਕਾਰ ਦੇ ਕਿ ਵੀ ਬੰਦੀ ਸਿੰਘਾਂ ਦੀ ਰਿਹਾਈ ਕਰ ਦਿੱਤੀ ਜਾਵੇ, ਇਹਨਾਂ ਦੀਆਂ ਸਜ਼ਾ ਪੂਰੀਆਂ ਹੋ ਚੁੱਕੀਆਂ ਨੇ, ਤੇ ਕੋਰਟਾਂ ਦੇ ਆਰਡਰ ਪਤਾ ਕੀ ਹੁੰਦੇ ਨੇ ਕਿ ਇਹ ਜੇਲ੍ਹ ਮੈਨੂਅਲ ਦੇ ਅਗੇਂਸਟ ਆ, ਕਿਉਂਕਿ ਸਾਡੇ ਸਿੰਘਾਂ ਵਾਸਤੇ ਉੱਥੇ ਜੇਲ੍ਹ ਮੈਨੂਅਲ ਵੀ ਵੱਖਰੇ ਕਰ ਦਿੱਤੇ ਜਾਂਦੇ ਆ। ਜਿਹੜੇ ਕਾਤਲ ਰਾਜੀਵ ਗਾਂਧੀ ਦੇ, ਉਹਨਾਂ ਵਾਸਤੇ ਜੇਲ੍ਹ ਮੈਨੂਅਲ ਕਨਸਟੀਟਿਊਸ਼ਨ ਦੇ ਹਿਸਾਬ ਨਾਲ, ਤੇ ਜਿਹੜੇ ਸਾਡੇ ਬੰਦੀ ਸਿੰਘ ਉਹਨਾਂ ਵਾਸਤੇ ਜੇਲ੍ਹ ਮੈਨੂਅਲ ਵੱਖਰੇ, ਜਿਨ੍ਹਾਂ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਇਹ ਤਾਂ ਉਮਰ ਇਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਕਿਉਂਕਿ ਇਹ ਸਟੇਟ ਵਾਸਤੇ ਤੇ ਇਸ ਨੈਸ਼ਨਲ ਸਿਕਿਉਰਿਟੀ ਵਾਸਤੇ ਖਤਰਾ ਨੇ। ਤੇ ਜਿੱਥੇ ਅਸੀਂ ਕਹਿੰਦੇ ਆ ਕਿ ਸਾਨੂੰ ਕਨਸਟੀਟਿਊਸ਼ਨ ਦੇ ਬਰਾਬਰ ਦੇ ਅਧਿਕਾਰ ਦਿੱਤੇ ਜਾਣਗੇ, ਉਹ ਕਦੀ ਨਹੀਂ ਦਿੱਤੇ ਜਾਣਗੇ ਉਦੋਂ ਤੱਕ ਜਦੋਂ ਤੱਕ ਸਾਡੇ ਕੋਲ ਆਪਣਾ ਰਾਜ ਭਾਗ ਨਹੀਂ ਆ ਜਾਂਦਾ। ਤੇ ਆਪਣਾ ਰਾਜ ਭਾਗ ਸਾਨੂੰ ਕਿਸੇ ਨੇ ਥਾਲੀ 'ਚ ਸਜਾ ਕੇ ਨਹੀਂ ਦੇਣਾ, ਉਹਦੇ ਵਾਸਤੇ ਸਾਨੂੰ ਅੱਗੇ ਨਿਕਲਣਾ ਹੀ ਪੈਣਾ ਆ। ਚਾਹੇ ਅੱਜ ਨਿਕਲ ਜਾਈਏ ਚਾਹੇ ਕੱਲ ਨਿਕਲ ਜਾਈਏ, ਸਾਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਹੀ ਪਏਗਾ। ਇਹੀ ਸਾਡਾ ਏਮ, ਇਹੀ ਸਾਡਾ ਟੀਚਾ, ਇਹੀ ਸਾਡਾ ਲਕਸ਼ ਹੈ। ਤੇ ਜੇ ਅਸੀਂ ਇਹ ਸੋਚ ਲਈਏ ਕਿ ਕੋਈ ਗੱਲ ਨਹੀਂ 5-7 ਬੰਦੇ ਅੱਗੇ ਜਾ ਰਹੇ ਨੇ, ਜਦੋਂ ਖਾਲਿਸਤਾਨ ਮਿਲ ਜਾਏਗਾ ਤੇ ਫਿਰ ਅਸੀਂ ਨਾਲ ਰਲ ਜਾਾਂਗੇ, ਮੈਨੂੰ ਮਾਫ ਕਰਨਾ ਮੇਰੀ ਗੱਲ ਥੋੜੀ ਜਿਹੀ ਕੜਵੀ ਲੱਗ ਸਕਦੀ ਆ, ਪਰ ਸੱਚ ਇਹੀ ਆ। ਅੱਜ ਦਾ ਅਜੋਕਾ ਸਮਾਂ ਜਦੋਂ ਅਸੀਂ ਸਰਕਾਰਾਂ ਚੁਣਦੇ ਆ ਨਾ ਕਿ ਅਸੀਂ ਵੋਟਾਂ ਪਾ ਕੇ, ਕਿਉਂਕਿ ਦੇਖੋ ਵੋਟ ਦਾ ਰਾਈਟ ਤੁਹਾਡੇ ਕੋਲ ਆ, ਤੁਸੀਂ ਵੋਟਾਂ ਪਾ ਕੇ ਆਪਣੇ ਲਈ ਨੁਮਾਇੰਦੇ ਚੂਜ਼ ਕਰਨੇ ਹੁੰਦੇ ਆ। ਜਦੋਂ ਤੁਸੀਂ ਵੋਟ ਦਾ ਰਾਈਟ ਯੂਜ਼ ਕਰਦੇ ਆ ਨਾ, ਉਦੋਂ ਅਸੀਂ ਇਹ ਨਹੀਂ ਦੇਖਦੇ ਕਿ ਜਿਹੜੇ ਜਿਸ ਇਨਸਾਨ ਨੂੰ ਜਾਂ ਜਿਸ ਮੰਤਰੀ ਮਿਨਿਸਟਰ ਨੂੰ ਤੁਸੀਂ ਚੁਣ ਕੇ ਅੱਗੇ ਲੈ ਕੇ ਆ ਰਹੇ ਹੋ ਕਿ ਉਹ ਆਨੰਦਪੁਰ ਦੇ ਮਤੇ ਦੇ ਉੱਪਰ ਕਾਬਜ਼ ਹੈ, ਕਿ ਉਹਨਾਂ ਬਾਰੇ ਗੱਲ ਕਰੇਗਾ, ਜਾਂ ਤੁਹਾਡੀਆਂ ਜਿਹੜੀਆਂ ਨਿੱਜੀ ਜ਼ਰੂਰਤਾਂ ਨੇ, ਤੁਹਾਡੇ ਉਦਯੋਗ ਨੇ, ਤੁਹਾਡੀਆਂ ਸਿਹਤ ਸਹੂਲਤਾਂ ਨੇ, ਤੁਹਾਡੇ ਗੁਰੂ ਸਾਹਿਬਾਨਾਂ ਦੀ ਜੋ ਬੇਅਦਬੀ ਹੋਈ ਆ, ਜਿਹੜਾ ਲਿਟਰੇਚਰ ਸਾਡਾ ਗਵਾ ਚੁੱਕਿਆ, ਕਿ ਉਹਨਾਂ ਦੇ ਰਿਗਾਰਡਿੰਗ ਕੋਈ ਗੱਲ ਕਰਨਗੇ? ਨਹੀਂ, ਕਦੀ ਨਹੀਂ ਸੋਚਦੇ। ਅਸੀਂ ਵੋਟ ਨੂੰ ਇੱਕ ਉਹ ਹੱਥ ਦਾ ਕਰਿੰਦਾ ਬਣਾਇਆ ਕਿ ਸਿਰਫ ਬਟਨ ਨੱਪਣਾ ਆ, ਜਿਹਦਾ ਪਲੜਾ ਭਾਰੀ ਉਹਦਾ ਅਸੀਂ ਬਟਨ ਨੱਪ ਕੇ ਉਹਨੂੰ ਵੋਟ ਪਾ ਦਿੰਦੇ ਆ, ਚਾਹੇ ਮਗਰੋਂ ਉਹ ਸਾਡੇ ਨਾਲ ਕੁਝ ਵੀ ਕਰੇ। ਫਿਰ ਅਸੀਂ ਧਰਨਿਆਂ ਤੇ ਬੈਠਦੇ ਆ, ਫਿਰ ਅਸੀਂ ਸੜਕਾਂ ਤੇ ਉਤਰਦੇ ਆ ਵੀ ਆਹ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ। ਜਦੋਂ ਮੰਗਾਂ ਮਨਾਉਣ ਤੋਂ ਪਹਿਲਾਂ ਤੁਹਾਨੂੰ ਇਹ ਪਰਖਣਾ ਚਾਹੀਦਾ ਸੀਗਾ ਕਿ ਕਿਸ ਇਨਸਾਨ ਨੂੰ ਤੁਸੀਂ ਚੁਣ ਕੇ ਅੱਗੇ ਲੈ ਕੇ ਆਉਣਾ ਆ, ਜਿਹੜਾ ਤੁਹਾਡੀ ਗੱਲ ਕਰੇ, ਤੁਹਾਡੇ ਰਾਜ ਦੀ ਗੱਲ ਕਰੇ, ਤੁਹਾਡੇ ਬਰਾਬਰਤਾਈ ਦੇ ਅਧਿਕਾਰਾਂ ਦੀ ਗੱਲ ਕਰੇ। ਪਰ ਅਸੀਂ ਉਸ ਟਾਈਮ ਇਹ ਚੀਜ਼ਾਂ ਨਹੀਂ ਸੋਚਦੇ, ਕਿਉਂਕਿ ਉਸ ਟਾਈਮ ਅਸੀਂ ਸਿਰਫ ਉਹ ਇਨਸਾਨ ਦੇਖਦੇ ਹਾਂ ਜਿਹੜਾ ਕੁਰਸੀ ਤੇ ਬੈਠਣਾ ਚਾਹ ਰਿਹਾ ਹੈ। ਔਰ ਜਦੋਂ ਕੋਈ ਵੀ ਲੀਡਰ ਜਦੋਂ ਕੁਰਸੀ ਤੇ ਬੈਠ ਜਾਂਦਾ ਹੈ ਤਾਂ ਉਹ ਕੁਰਸੀ ਦਾ ਹੀ ਹੋ ਜਾਂਦਾ, ਉਹਦੇ ਭਾਅ ਦਾ ਜਨਤਾ ਨਾਲ ਕੋਈ ਤਲਕ ਵਾਸਤਾ ਜਿਹੜਾ ਉਹ ਨਹੀਂ ਰਹਿੰਦਾ। ਇਸ ਕਰਕੇ ਕੁਰਸੀ ਦੇ ਚੋਰ ਤੇ ਕੁਰਸੀ ਦੇ ਭੁੱਖੇ ਇਨਸਾਨ ਨੂੰ ਕਦੇ ਵੋਟ ਪਾ ਕੇ ਨਾ ਜਿਤਾਓ। ਉਹ ਨਾ ਕੱਲ ਤੁਹਾਡੇ ਕੰਮਾਂ ਨੂੰ
ਕਰ ਸਕਦੇ ਸੀਗੇ, ਨਾ ਉਹ ਅੱਜ ਕਰਨਗੇ। ਹਮੇਸ਼ਾ ਆਪਣੇ ਵੋਟ ਦਾ ਰਾਈਟ ਜਿਹੜਾ ਆ ਉਹਨੂੰ ਸੋਚ ਸਮਝ ਕੇ ਯੂਜ਼ ਕਰੋ। ਆਪਣੀਆਂ ਸਿਹਤ ਸਹੂਲਤਾਂ, ਆਪਣੇ ਬੱਚਿਆਂ ਦੀ ਐਜੂਕੇਸ਼ਨ ਦਾ ਲੈਵਲ ਦੇਖੋ। ਸੋ ਪੰਜਾਬ ਦੇ ਵਿੱਚ ਬਹੁਤ ਸਾਰੇ ਹੋਰ ਵੀ ਮੁੱਦੇ ਨੇ। ਸਾਡੇ ਤਖਤ ਜਿਨ੍ਹਾਂ ਦੇ ਉੱਤੇ ਅੱਜ ਕਹਿ ਸਕਦੇ ਆਪਾਂ ਕਿ ਬੀਜੇਪੀ ਸਰਕਾਰ ਕਾਈਂਡ ਆਫ ਕਾਬਜ਼ ਹੋ ਚੁੱਕੀ ਆ, ਜਿੱਥੇ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਜਥੇਦਾਰ ਬਿਆਨਬਾਜ਼ੀ ਨਹੀਂ ਕਰ ਸਕਦਾ। ਮੈਨੂੰ ਮਾਫ ਕਰਨਾ ਜੇ ਮੈਂ ਗਲਤ ਬੋਲ ਰਹੀ ਹੋਵਾਂ ਤੇ, ਬਟ ਕੋਈ ਵੀ ਜਥੇਦਾਰ ਸਾਹਿਬਾਨ ਆਪਣੀ ਮਰਜ਼ੀ ਦੇ ਨਾਲ, ਸੰਗਤਾਂ ਦੇ ਹਿਸਾਬ ਦੇ ਨਾਲ, ਗੁਰੂ ਮਹਾਰਾਜ ਦੇ ਹਿਸਾਬ ਦੇ ਨਾਲ, ਜੋ ਗੁਰੂ ਮਹਾਰਾਜ ਨੇ ਸਾਨੂੰ ਉਦੇਸ਼ ਬਖਸ਼ੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਕੋਈ ਵੀ ਡਿਸੀਜਨ ਨਹੀਂ ਲਿਆ ਜਾ ਰਿਹਾ। ਇਸ ਕਰਕੇ ਇਹ ਜਿਹੜੀਆਂ ਚੁਣੌਤੀਆਂ ਸਾਡੇ ਸਾਹਮਣੇ ਆ ਰਹੀਆਂ ਨੇ ਨਾ, ਇਹਨਾਂ ਦੇ ਪਿੱਛੇ ਦੀ ਜਿਹੜੀ ਗਲਤੀ ਆ ਨਾ, ਉਹ ਵੀ ਸਾਡੀ ਆ। ਜਦ ਤੱਕ ਅਸੀਂ ਯੂਨਾਈਟ ਨਹੀਂ ਹੋਵਾਂਗੇ, ਇੱਕ ਝੰਡੇ ਥੱਲੇ ਇਕੱਠੇ ਨਹੀਂ ਹੋਵਾਂਗੇ, ਉਦੋਂ ਤੱਕ ਆਜ਼ਾਦੀ ਦਾ ਰਾਹ ਬਹੁਤ ਔਖਾ ਆ। ਮੈਂ ਐਂਡ ਦੇ ਵਿੱਚ ਕਨਕਲੂਜਨ ਕਰਨ ਤੋਂ ਪਹਿਲਾਂ ਦੋ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਕਿ ਦੇਖੋ, ਜਿਹੜੀਆਂ ਗਲਤੀਆਂ ਨੇ ਸਾਡੀਆਂ, ਸਾਨੂੰ ਉਹ ਮੰਨਣੀਆਂ ਚਾਹੀਦੀਆਂ ਨੇ ਤੇ ਮੰਨ ਕੇ ਉਹਨਾਂ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਆ ਕਿ ਸਾਨੂੰ ਕੀ ਕਰਨਾ ਚਾਹੀਦਾ ਆ। ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਔਰ ਆਪਣੀ ਰਾਜਨੀਤੀ ਨੂੰ ਔਰ ਆਪਣੇ ਧਰਮ ਨੂੰ ਬਚਾਉਣ ਵਾਸਤੇ ਸਾਨੂੰ ਕਿਹੜੇ ਪਰਪੱਖ ਕਦਮ ਜਿਹੜੇ ਨੇ ਉਹ ਚੁੱਕਣੇ ਚਾਹੀਦੇ ਨੇ। ਆਪਣੀ ਨੌਜਵਾਨੀ ਨੂੰ ਇਹ ਦੱਸਣ ਦੀ ਬਹੁਤ ਜ਼ਿਆਦਾ ਲੋੜ ਆ ਕਿ ਇਹ ਰਾਜ ਭਾਗ ਤੁਹਾਡੇ ਵਾਸਤੇ ਆ। ਜੋ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਜਿਨ੍ਹਾਂ ਦੀਆਂ ਕੁਰਬਾਨੀਆਂ, ਸ਼ਹਾਦਤਾਂ ਦੇ ਦਿਵਸ ਅੱਜ ਅਸੀਂ ਮਨਾ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਯਾਦ ਕਰ ਰਹੇ ਹਾਂ, ਸ਼ਰਧਾਂਜਲੀਆਂ ਭੇਟ ਕਰ ਰਹੇ ਹਾਂ, ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਤੇ ਇਹਨਾਂ ਕੁਰਬਾਨੀਆਂ ਨੂੰ ਹੀ ਯਾਦ ਰੱਖਦੇ ਹੋਏ ਉਹਨਾਂ ਰਸਤਿਆਂ ਦੇ ਉੱਤੇ ਹੀ ਸਾਨੂੰ ਚੱਲਣ ਦੀ ਲੋੜ ਆ। ਸੋ ਜਿਹੜੀਆਂ ਵੀ ਪ੍ਰੋਬਲਮਸ ਅੱਜ ਦੇ ਸਮੇਂ ਦੇ ਵਿੱਚ ਆ ਰਹੀਆਂ ਨੇ, ਉਹਨਾਂ ਤੋਂ ਹੱਲ ਪਾਉਣ ਦਾ ਇੱਕ ਤਰੀਕਾ ਆ ਕਿ ਸਾਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਆ, ਯੂਨਾਈਟ ਹੋਣਾ ਚਾਹੀਦਾ ਆ। ਇਹ ਛੱਡ ਕੇ ਕਿ ਕਿਹੜੀ ਪਾਰਟੀ ਵੱਡੀ ਆ, ਦੇਖੋ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਲੈਵਲ ਤੇ ਕੰਮ ਕਰ ਰਹੀਆਂ ਨੇ, ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਲੈਵਲ ਤੇ ਬਹੁਤ ਵਧੀਆ ਕੰਮ ਕਰ ਰਹੀਆਂ ਨੇ, ਪਰ ਸਾਨੂੰ ਫਿਰ ਵੀ ਇੱਕ ਝੰਡੇ ਥੱਲੇ, ਇੱਕ ਸੋਚ ਥੱਲੇ ਚੱਲਣਾ ਪਏਗਾ। ਸੋ ਇੰਨੀਆਂ ਗੱਲਾਂ ਕਹਿੰਦਿਆਂ ਮੈਂ ਮਾਫੀ ਮੰਗਦੀ ਹਾਂ ਜੇ ਮੇਰੇ ਕੋਲ ਕੋਈ ਗਲਤੀ ਭੁੱਲ ਹੋ ਗਈ ਹੋਵੇ, ਤੇ ਨਾਲ ਦੀ ਨਾਲ ਮੈਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸੀਨੀਅਰ ਲੀਡਰਸ਼ਿਪ ਤੇ ਸਮੂਹ ਕੈਲੀਫੋਰਨੀਆ ਯੂਨਿਟ ਵੱਲੋਂ ਆਪ ਸਭ ਸੰਗਤਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸੋਹਣੇ ਤਰੀਕੇ ਦੇ ਨਾਲ ਬੈਠ ਕੇ ਸਾਰੇ ਬੁਲਾਰਿਆਂ ਨੂੰ ਸੁਣਿਆ, ਤੇ ਸਟੇਜ ਤੇ ਜਿਹੜੇ ਸੈਕਟਰੀ ਸਾਹਿਬਾਨ ਨੇ ਜਿਨ੍ਹਾਂ ਨੇ ਪ੍ਰੋਗਰਾਮ ਉਲੀਕਿਆ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। 5 ਨਾਅਰੇ ਲਾਵਾਂਗੇ ਖਾਲਿਸਤਾਨ ਦੇ, ਪੂਰੇ ਜੋਸ਼ ਦੇ ਨਾਲ ਤੁਸੀਂ ਜਵਾਬ ਦੇਣਾ ਹੈ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਇਹ ਰਾਜ ਸਾਡੇ ਵਾਸਤੇ ਹੈ ਜਿਹਦੀ ਅਸੀਂ ਗੱਲ ਕਰ ਰਹੇ ਹਾਂ। ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਇਹ ਸਨ ਐਡਵੋਕੇਟ ਮਨਦੀਪ ਕੌਰ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਸਾਡੇ ਪਾਸ ਭਾਈ ਇਕਬਾਲ ਸਿੰਘ ਬੱਬਰ ਜੀ ਦੇ ਮਾਤਾ ਜੀ ਵੀ ਖੜੇ ਨੇ, ਉਹ ਕਹਿੰਦੇ ਮੈਂ ਸੰਗਤਾਂ ਦੇ 2 ਮਿੰਟ ਲਈ ਦਰਸ਼ਨ ਕਰਨੇ ਆ, ਉਹ ਵੀ ਆਉਣਗੇ। ਉਸ ਤੋਂ ਉਪਰੰਤ ਮਹਿਤਾਬ ਕੌਰ, ਉਸ ਤੋਂ ਉਪਰੰਤ ਰੇਸ਼ਮ ਸਿੰਘ ਜੀ ਜੋ ਕਿ ਬੇਕਸਫੀਲਡ ਤੋਂ ਪਹੁੰਚੇ ਹੋਏ ਨੇ, ਉਹ ਵੀ ਸਟੇਜ ਤੇ ਆ ਜਾਣ। ਉਸ ਤੋਂ ਬਾਅਦ ਉਹਨਾਂ ਦਾ ਟਾਈਮ ਹੈ, ਟਾਈਮ ਦੀ ਬੜੀ ਸ਼ਾਰਟੇਜ ਆ, 4:30 ਦਾ ਟਾਈਮ ਸੀ, ਆਲਰੇਡੀ 4:30 ਹੋ ਚੁੱਕੇ ਨੇ। ਸੋ ਮੈਂ ਹੁਣ ਮਾਤਾ ਜੀ ਨੂੰ ਬੇਨਤੀ ਕਰਾਂ ਕਿ ਆ ਕੇ ਆਪ ਜੀ ਦੇ 1-2 ਮਿੰਟ ਲਈ ਸੰਗਤਾਂ ਦੇ ਦਰਸ਼ਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੁਲਾਰੇ ਬਹੁਤ ਬੋਲੇ ਆ ਤੇ ਬਹੁਤ ਜ਼ਿਆਦਾ ਕੁਝ ਕੰਨਾਂ ਨਾਲ ਸੁਣਿਆ, ਸੋਚਿਆ, ਸਮਝਿਆ ਵੀ ਆ। ਵੀ ਜੇ ਵੇਖੋ ਸਾਰਿਆਂ ਨੇ ਇਹ ਗੱਲ ਆਖੀ ਆ ਵੀ ਸਾਨੂੰ ਖੂਨ ਦੇਣਾ ਪੈਣਾ, ਸਾਨੂੰ ਵੱਧ ਚੜ ਕੇ ਲੜਨਾ ਪੈਣਾ,
ਸਾਨੂੰ ਨਿਕਲਣਾ ਪੈਣਾ। ਜੇ ਸਾਡੇ ਕੋਲ ਪੋਤਰਾ ਜਾਂ ਪੋਤਰੀ ਇੱਕ ਹੀ ਹੋਊਗੀ ਤੇ ਅਸੀਂ ਉਹਨੂੰ ਲੁਕਾ ਕੇ ਝੋਲੀ 'ਚ ਪਾ ਕੇ ਬਾਅਦ ਦੀ ਗੱਲ ਨਾ ਸੁਣੀ, ਕੋਈ ਪਤਾ ਨਾ ਲੱਗ ਜਾਵੇ ਤੇ ਬਾਹਰ ਕਿੱਥੋਂ ਕੱਢਾਂਗੇ ਅਸੀਂ? ਪਹਿਲਾਂ ਆਪੋ ਆਪਣੇ ਘਰਾਂ ਦੇ ਵਿੱਚ ਜਿੰਨੇ ਮੇਰੇ ਭਰਾ ਭਾਈ, ਮੇਰੇ ਭੈਣਾਂ ਬੀਬੀਆਂ ਇੱਥੇ ਇਹ ਪਰਨ ਕਰਕੇ ਜਾਓ ਵੀ ਦੂਜੀ ਵਾਰੀ ਨੂੰ ਆਵਾਂਗੇ ਤੇ ਕਿੰਨੀ ਰੌਣਕ ਹੋਊਗੀ। ਮੈਨੂੰ 5-6 ਵਾਰੀਆਂ ਹੋ ਗਈਆਂ ਇੱਥੇ ਆਉਂਦੀ ਨੂੰ ਤੇ ਐਤਕੀ ਕੋਈ ਐਡੀ ਦਿੱਖ ਨਹੀਂ ਦਿਸੀ ਵੀ ਜਿੰਨੀ ਅੱਗੇ ਹੁੰਦੀ ਸੀ। ਇਹ ਕਿਉਂ ਨਹੀਂ ਗੀ? ਸਾਡੀ ਜਨਸੰਖਿਆ ਜਿਹੜੀ ਉਹ ਬਿਲਕੁਲ ਬੀਬੀਆਂ ਜਵਾਬ ਦੇ ਗਈਆਂ। ਸਾਡੇ ਨੂੰਹਾਂ ਪੁੱਤ ਖੁਸਰੇ ਬਣ ਗਏ ਆ ਜੇ ਅਸਲੀ ਗੱਲ ਪੁੱਛੋ ਤੇ। ਜਿਹਦੇ ਇੱਕ ਹੋ ਗਿਆ ਮੁੰਡਾ ਪਹਿਲਾਂ ਹੋ ਗਿਆ, ਬਸ ਬਸ ਫੈਮਿਲੀ ਟੈਂਟ ਹੋ ਗਈ ਪੂਰੀ। ਹੋਰ ਨਹੀਂ ਸਾਨੂੰ ਚਾਹੀਦਾ। ਸ਼ਰਮ ਕਰੋ ਕੋਈ ਥੋੜੀ ਜੀ। ਸਿੱਖ ਕੌਮ ਜਿੱਦਣ ਲੋੜ ਪਊ ਭਈਆਂ ਦੇ ਇਕੱਠੇ ਕਰ ਲਿਆਇਓ। ਬੀਜੇਪੀ ਦੇ ਵੀ ਬੜੇ ਜ਼ਿਆਦੇ ਉਹ ਲੈ ਆਇਓ ਧੱਕ ਕੇ ਵੀ ਅੱਜ ਸਾਨੂੰ ਲੋੜ ਆ। ਜੇ ਸਾਡੇ ਕੋਲ ਹੈਗੇ ਸੀ ਤੇ ਬੱਚਿਆਂ ਨੂੰ ਥਾਪੀਆਂ ਦੇ ਦੇ ਘਰੋਂ, ਅਰਦਾਸਾਂ ਕਰਕੇ ਪ੍ਰਸ਼ਾਦ ਕਰਕੇ ਫੇਰ ਤੋਰਿਆ ਸ਼ਹੀਦੀਆਂ ਪਾਉਣ ਨੂੰ। ਫੇਰ ਇਹ ਆਖਿਆ ਵੇਖਿਓ ਕਿਤੇ ਪਿੱਛਾ ਭੁੰਕੇ ਨਹੀਂ ਵੇਖਣਾ, ਤੁਹਾਡੀ ਰੂਹ ਪਿੰਡ 'ਚ ਰਹਿ ਜੂਗੀ। ਜਿੱਧਰ ਚੱਲੇ ਜੇ ਸਿੱਧੇ ਆਪਣੇ ਕੰਮ ਤੁਰੇ ਜੇ ਮੁਕਾ ਕੇ ਆਇਓ, ਫਤਿਹ ਗਜਾ ਕੇ ਆਇਓ। ਇੱਕ ਵਾਰ ਇੱਥੇ ਵਿੱਚ ਬੋਲਿਆ ਏ ਵੀ ਖੂਨ 'ਚ ਬੱਚੇ ਆਉਂਦੇ ਤੇ ਖੂਨ 'ਚੋਂ ਹੀ ਉਹ ਜਾਂਦੇ ਨੇ, ਖੂਨ ਵਹਾ ਕੇ ਜਾਂਦੇ। ਬਿਲਕੁਲ 16 ਆਨੇ ਗੱਲ ਸੱਚੀ ਆਏ, ਇਹਦੇ ਵਿੱਚ ਕੋਈ ਝੂਠ ਨਹੀਂ ਜੇ। ਜੇ ਝੂਠ ਆ ਤੇ ਬੇਸ਼ੱਕ ਮੈਨੂੰ ਕੋਈ ਇੱਥੇ ਆ ਕੇ ਦੱਸ ਦੇਵੇ। ਜਦੋਂ ਵੇਖੋ ਮੈਨੂੰ ਖੁਦ ਪਤਾ ਵੀ ਫਲਾਣੇ ਥਾਣੇ 'ਚ ਮੇਰਾ ਮੁੰਡਾ ਕੁੱਟੀ ਦਾ ਫੜਿਆ ਐ ਹੋਣ ਡਿਆ, ਜਦੋਂ ਤੋਰਿਆ ਕਰੋ ਇਸੇ ਕੰਮ ਨੂੰ ਆ ਤੇ ਉਹ ਕਿਸ ਤਰ੍ਹਾਂ ਆਖੂਗਾ ਵੀ ਮੈਨੂੰ ਬੜੀ ਤਕਲੀਫ ਹੈ, ਮੈਨੂੰ ਬੜਾ ਐ ਆ। ਜਦੋਂ ਗੁਰੂ ਮਹਾਰਾਜ ਦਸ਼ਮੇਸ਼ ਦੇ ਲੇਖੇ ਲੱਗ ਗਏ ਅਸੀਂ ਉਹਦੇ ਹੋ ਕੇ ਰਹਿ ਗਏ ਆ। ਸਾਨੂੰ ਉਹ ਚੰਗਾ ਕਰੇ ਮਾੜਾ ਕਰੇ, ਸਾਨੂੰ ਉਹਦਾ ਸ਼ੁਕਰਗੁਜ਼ਾਰ ਕਰਨਾ ਚਾਹੀਦਾ। ਜੇ ਅਸੀਂ ਸ਼ੁਕਰਗੁਜ਼ਾਰ ਕਰਾਂਗੇ ਤੇ ਸਾਡਾ ਜਨਸੰਖਿਆ ਵੀ ਵਧੂਗੀ, ਸਾਡੇ ਹੌਸਲੇ ਵਧਣਗੇ, ਦਲੇਰੀ ਵਧੂਗੀ। ਉਹਦੇ ਨਾਲ ਅਸੀਂ ਫੇਰ ਜਾ ਕੇ ਜੇ ਆਖੀਏ ਵੀ ਅੱਜ ਸਾਨੂੰ ਖਾਲਿਸਤਾਨ ਅਸੀਂ ਨਾਅਰੇ ਲਾ ਕੇ ਲੈ ਲਾਂਗੇ, ਅਸੀਂ ਐਂ ਕਰਕੇ ਲੈ ਲਾਂ, ਨਹੀਂ। ਸਾਡੀ ਜਨਸੰਖਿਆ ਵੱਧ ਹੋਣੀ ਚਾਹੀਦੀ, ਸ਼ਰਮ ਆਉਣੀ ਚਾਹੀਦੀ। ਹੁਣ ਸਾਨੂੰ ਹੁਣ ਮੋਦੀ ਵੀ ਲਿਖਦਾ ਜੇ, ਉਹ ਵੀ ਆਂਦਾ ਹੈ ਵੀ ਮੈਂ ਇੰਨੇ ਹਜ਼ਾਰ ਰੁਪਈਆ ਦਊਂਗਾ, ਇੱਕ ਬੱਚੇ ਦਾ 3000 ਦਊਂ, ਜੇ ਦੂਜਾ ਹੋਰ ਹੋ ਜੂ 4 ਦੇ ਦੂੰਗਾ। ਸ਼ਰਮ ਕਰੋ ਇਹੋ ਜਿਹੀਆਂ ਗੱਲਾਂ ਦੀ। ਥੋੜਾ ਬਹੁਤਾ ਸਾਨੂੰ ਸੋਚਣਾ ਚਾਹੀਦਾ, ਇਹਨਾਂ ਗੱਲਾਂ ਦੇ ਉੱਤੇ ਅਮਲ ਕਰਨਾ ਚਾਹੀਦਾ ਹੈ ਵੀ ਇੱਕ ਹਰ ਘਰ ਦੇ ਵਿੱਚ 4 ਬੱਚੇ ਹੋਣੇ ਅਤ ਜ਼ਰੂਰੀ ਆ। ਜੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਆ ਤੇ ਦੱਸ ਸਕਦਾ। ਇੰਨੀ ਕੁ ਮੇਰੀ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਬੱਚੇ 4-4 ਪੈਦਾ ਕਰੋ। ਜੇ ਕੋਈ ਦੁਨੀਆ ਤੋਂ ਖੱਟਣਾ ਕਮਾਉਣਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਭੁੱਲਾ ਚੁੱਕਾ ਦੀ ਖਿਮਾ ਕਰਨੀ। ਬੋਲੇ ਸੋ ਨਿਹਾਲ। ਬੜੇ ਧੰਨਵਾਦੀ ਹਾਂ ਮਾਤਾ ਜੀ ਦੇ, ਜਿਨ੍ਹਾਂ ਨੇ ਕਿ ਆਪਣਾ ਇੱਥੇ ਆ ਕੇ ਆਪ ਸੰਗਤਾਂ ਦੇ ਦਰਸ਼ਨ ਕੀਤੇ। ਇਸ ਤੋਂ ਉਪਰੰਤ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਕਿ ਸ਼ਹੀਦ ਪਰਿਵਾਰਾਂ ਨੂੰ ਹੁਣ ਸਨਮਾਨ ਕੀਤਾ ਜਾਵੇਗਾ। ਜਿੰਨੇ ਵੀ ਮੇਰੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮੈਂਬਰ ਜਿਹੜੇ ਬੈਠੇ ਆ ਪੰਡਾਲ ਦੇ ਵਿੱਚ, ਪਲੀਜ਼ ਸਟੇਜ 'ਤੇ ਆ ਜਾਓ ਜੋ ਆਪਾਂ ਇਹਨਾਂ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਕਰ ਸਕੀਏ। ਸਾਡੇ ਪਾਸ 2-3 ਬੁਲਾਰੇ ਹੋਰ ਬਾਕੀ ਨੇ। ਉਸ ਤੋਂ ਉਪਰੰਤ ਜੋ ਸਾਡਾ ਸਟੇਜ ਦਾ ਸਮਾਂ ਸੀ 4:30 ਤੱਕ ਦਾ ਸੀ ਤੇ ਪਰ ਆਲਰੇਡੀ 4:30 ਤੋਂ ਉੱਪਰ ਟਾਈਮ ਹੋ ਚੁੱਕਿਆ। ਹੁਣ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਕੀਤਾ ਜਾਵੇਗਾ। ਜੋ ਕਿ ਸਨਮਾਨ ਕੀਤਾ ਜਾ ਰਿਹਾ ਹੈ ਸ਼ਹੀਦ ਭਾਈ ਹਰਿੰਦਰ ਸਿੰਘ ਔਰ ਹਰੀ ਸਿੰਘ ਦੇ ਕਜ਼ਨ ਭਾਈ ਕੁਲਦੀਪ ਸਿੰਘ ਬਾਜਵਾ, ਸ਼ਹੀਦ ਭਾਈ ਭੁਪਿੰਦਰ ਸਿੰਘ ਅਲੀਪੁਰ ਦੇ ਭੈਣ ਜੀ ਹਰਜੀਤ ਕੌਰ, ਸ਼ਹੀਦ ਭਾਈ ਬਲਜੀਤ ਸਿੰਘ ਬੱਬਰ ਦੇ ਭੈਣ ਜੀ ਬੀਬੀ ਜਸਵਿੰਦਰ ਕੌਰ ਖਾਲਸਾ, ਸ਼ਹੀਦ ਭਾਈ ਗੁਰਨਾਮ ਸਿੰਘ ਬੱਬਰ ਦੇ ਭਰਾ ਜਗਦੀਸ਼ ਸਿੰਘ, ਸ਼ਹੀਦ ਭਾਈ ਸਤਨਾਮ ਸਿੰਘ ਫੌਜੀ ਦੇ ਭਰਾ ਸ਼ੀਤਲ ਸਿੰਘ, ਸ਼ਹੀਦ ਭਾਈ ਹਰਜੀਤ ਸਿੰਘ ਉਰਫ ਭਾਈ ਚਮਕੌਰ ਸਿੰਘ ਦੇ ਭੈਣ ਜੀ
ਬੀਬੀ ਰਾਜਵੰਤ ਕੌਰ। ਬੋਲੇ ਸੋ ਨਿਹਾਲ। ਲੰਗਰ ਇੰਚਾਰਜ ਭਾਈ ਗੁਰਮੀਤ ਸਿੰਘ ਦੇ ਭਰਾ ਗੁਰਜੀਵਨ ਸਿੰਘ ਦੇ ਚਾਚਾ ਜੀ ਸ਼ਹੀਦ ਭਾਈ ਬਲਵਿੰਦਰ ਸਿੰਘ, ਸ਼ਹੀਦ ਭਾਈ ਇਕਬਾਲ ਸਿੰਘ ਬੱਬਰ ਦੇ ਭਰਾ ਭਾਈ ਕਿਰਪਾਲ ਸਿੰਘ ਜੱਜ, ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੀ ਸੁਪਤਨੀ ਬੀਬੀ ਕਸ਼ਮੀਰ ਕੌਰ, ਸ਼ਹੀਦ ਭਾਈ ਧਰਮਵੀਰ ਸਿੰਘ ਦੇ ਭਾਣਜੇ ਭਾਈ ਤਜਿੰਦਰ ਸਿੰਘ, ਸ਼ਹੀਦ ਭਾਈ ਜਸਵਿੰਦਰ ਸਿੰਘ ਬੱਬਰ ਦੇ ਭਰਾ ਭਾਈ ਬਲਵਿੰਦਰਪਾਲ ਸਿੰਘ ਖਾਲਸਾ ਜੀ, ਸ਼ਹੀਦ ਭਾਈ ਸੁਖਵਿੰਦਰ ਸਿੰਘ ਰਾਹੋਂ ਦੇ ਭਾਣਜੇ ਅਮਨਦੀਪ ਸਿੰਘ, ਸ਼ਹੀਦ ਭਾਈ ਚਲਮਲ ਸਿੰਘ ਦੀ ਭਾਣਜੀ ਬੀਬੀ ਹਰਮਨਪ੍ਰੀਤ ਕੌਰ, ਸ਼ਹੀਦ ਭਾਈ ਨੱਥਾ ਸਿੰਘ ਦੇ ਨੂੰਹ ਬੀਬੀ ਰਾਜਵੀਰ ਕੌਰ, ਸ਼ਹੀਦ ਭਾਈ ਨਵਨੀਤ ਸਿੰਘ ਕਾਦੀਆਂ ਦੀ ਭਾਣਜੀ ਬੀਬੀ ਜਗਜੀਵਨ ਕੌਰ, ਭਾਈ ਇੰਦਰਜੀਤ ਸਿੰਘ, ਭਾਈ ਜੁਗਰਾਜ ਸਿੰਘ ਤੂਫਾਨ ਦੇ ਜੋ ਕਿ ਜਵਾਈ ਨੇ, ਉਹ ਵੀ ਸਾਡੇ ਪਾਸ ਪਹੁੰਚੇ ਹੋਏ ਨੇ। ਜਸਵਿੰਦਰ ਸਿੰਘ ਜੱਜੌਲ ਦਾ ਬੇਟਾ ਭਾਈ ਜਰਨੈਲ ਸਿੰਘ, ਉਹਨਾਂ ਨੂੰ ਵੀ ਸਨਮਾਨ ਕੀਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ। ਸ਼ਹੀਦ ਭਾਈ ਬਾਪੂ ਬਾਪੂ ਗੋਪਾਲ ਸਿੰਘ ਜੀ, ਉਹਨਾਂ ਨੂੰ ਵੀ ਸਨਮਾਨ ਕੀਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ। ਜੋ ਅੱਜ ਦੇ ਇਹ ਵਿਸ਼ੇਸ਼ ਪ੍ਰੋਗਰਾਮ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ, ਜੋ ਕੈਲੀਫੋਰਨੀਆ ਦੇ ਸਾਰੇ ਗੁਰੂ ਘਰਾਂ ਵੱਲੋਂ ਇਹ ਪ੍ਰੋਗਰਾਮ ਸਨ ਫਰਾਂਸਿਸਕੋ ਦੀ ਧਰਤੀ ਤੇ ਕੀਤਾ ਜਾਂਦਾ ਹੈ। ਸਾਰੇ ਗੁਰੂ ਘਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਉੱਥੋਂ ਬੱਸਾਂ ਲੈ ਕੇ ਇਹਨਾਂ ਸਮਾਗਮਾਂ ਦੇ ਵਿੱਚ ਇਹਨਾਂ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਪਹੁੰਚੇ ਹੋ। ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਹਰੇਕ ਸਾਲ ਇਸ ਤਰ੍ਹਾਂ ਦੀਆਂ ਸੇਵਾਵਾਂ ਆਪ ਜੀ ਤੋਂ ਲੈਂਦੇ ਰਹਿਣ, ਜੋ ਆਪਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਸ਼ਹੀਦਾਂ ਦੇ ਸਮਰਪਿਤ ਵੱਧ ਤੋਂ ਵੱਧ ਕਰ ਸਕੀਏ। ਹੁਣ ਇਸ ਤੋਂ ਉਪਰੰਤ ਜੋ ਸਾਡੇ ਪਾਸ ਦੋ ਬੁਲਾਰੇ ਨੇ, ਹੁਣ ਮੈਂ ਬੇਨਤੀ ਕਰਾਂ ਮਹਿਤਾਬ ਕੌਰ ਜੋ ਕਿ ਭਾਣਜੀ ਸ਼ਹੀਦ ਬਲਜੀਤ ਸਿੰਘ ਟੁੰਡੀ ਲਾਲ ਬੱਬਰ ਜੀ ਦੀ ਭਾਣਜੀ ਹੈ, ਭਤੀਜੀ ਜਸਵਿੰਦਰ ਸਿੰਘ ਬੱਬਰ ਜੀ ਦੀ, ਕਿ ਉਹ 2 ਮਿੰਟ ਲਈ ਆ ਕੇ ਸਟੇਜ ਤੇ ਆਪ ਸੰਗਤਾਂ ਦੇ ਦਰਸ਼ਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੰਗ ਹਿੰਦ ਪੰਜਾਬ ਦੇ 42 ਸਾਲ ਪੂਰੇ ਹੋਏ ਹਨ। ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਇੱਥੋਂ ਤੱਕ ਪਹੁੰਚੇ ਹਾਂ। ਇਹ ਹਰ ਸਾਲ ਮਨਾਇਆ ਜਾਣਾ ਜ਼ਰੂਰੀ ਹੈ ਕਿਉਂਕਿ ਸਾਡੀ ਹੋਂਦ ਤੇ ਹਸਤੀ ਨੂੰ ਮਿਟਾਉਣ ਲਈ ਤੇ ਸਾਡੇ ਨਾਲ ਵਾਪਰਿਆ ਭਿਆਨਕ ਸਾਕਾ ਹੈ। ਗੁਰੂ ਨਾਨਕ ਪਾਤਸ਼ਾਹ ਵੱਲੋਂ ਸਿੱਖੀ ਦੇ ਨਿਰਮਲ ਪੰਥ ਨੂੰ ਅਕਾਲ ਪੁਰਖ ਦੇ ਹੁਕਮ ਨਾਲ ਇਸ ਸੰਸਾਰ ਵਿੱਚ ਪ੍ਰਗਟ ਕੀਤਾ, ਜਿਸ ਨੂੰ 10ਵੇਂ ਪਾਤਸ਼ਾਹ ਨੇ ਖਾਲਸਾ ਰਾਜ ਸਾਜ ਦਿੱਤਾ। ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਹੋਂਦ ਤੇ ਹਸਤੀ ਨੂੰ ਘਟਾਉਣ, ਮਕਾਉਣ ਤੇ ਦੱਬ ਦੇਣ ਲਈ ਵੀ ਬਹੁਤ ਸੂਖਮ ਯਤਨ ਆਲਮੀ ਪੱਧਰ ਉੱਤੇ ਜਾਰੀ ਹਨ, ਜਿਨ੍ਹਾਂ ਨੂੰ ਦਰੜ ਦੇਣ ਲਈ ਗੁਰੂ ਮਹਾਰਾਜ ਸਾਨੂੰ ਤਾਕਤ ਬਖਸ਼ਦੇ ਹਨ। ਹੋਂਦ ਤੇ ਹਸਤੀ ਨੂੰ ਕਾਇਮ ਰੱਖਣਾ ਗੁਲਾਮੀ ਦੇ ਵਿਰੁੱਧ ਇੱਕ ਵੱਡੀ ਜੰਗ ਹੈ। ਗੁਲਾਮੀ ਦੀਆਂ ਕੁਝ ਉਦਾਹਰਨਾਂ ਵੇਖੋ। ਪਿਛਲੇ ਮਹੀਨੇ ਸੈਂਟਰ ਸਰਕਾਰ ਨੇ ਬਿਆਨ ਦਿੱਤਾ ਕਿ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਸਿੱਖਣ ਦੀ ਕੋਈ ਲੋੜ ਨਹੀਂ, ਪਰ ਸੰਸਕ੍ਰਿਤ ਤੇ ਹਿੰਦੀ ਭਾਸ਼ਾ ਬੋਲਣੀ ਤੇ ਸਿੱਖਣੀ ਜ਼ਰੂਰੀ ਹੈ। ਲੰਮੇ ਸਮੇਂ ਤੋਂ ਸਿੱਖਾਂ ਨੂੰ ਆਪਣੇ ਧਰਮ ਤੋਂ ਤੋੜ ਕੇ ਧੱਕੇ ਨਾਲ ਈਸਾਈ ਧਰਮ ਨੂੰ ਅਪਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਕਈ ਵਾਰ ਬੰਨ ਖੋਲ ਕੇ ਪੰਜਾਬ ਵਿੱਚ ਹੜ੍ਹ ਲਿਆਂਦੇ ਜਾਂਦੇ ਨੇ ਤੇ ਆਪਣੇ ਸਿੱਖ ਕਿਸਾਨ ਕਰਜ਼ੇ ਵਿੱਚ ਰੁਲ ਜਾਂਦੇ ਆ। ਜੇ ਤੁਸੀਂ ਸਰਕਾਰ ਦੇ ਕਾਨੂੰਨੀ ਸੰਵਿਧਾਨ ਆਰਟੀਕਲ 25B ਪੜ੍ਹੋਗੇ, ਉੱਥੇ ਸਪਸ਼ਟ ਅੱਜ ਤੱਕ ਵੀ ਲਿਖਿਆ ਕਿ ਸਿੱਖ ਹਿੰਦੂ ਹੈ, ਕੇਸਾਤਾਰੀ ਹਿੰਦੂ ਹੀ ਰਹਿਣਾ ਤੇ ਕੋਈ ਵੱਖਰੀ ਕੌਮ ਨਹੀਂ ਹੈਗੀ ਸਿੱਖਾਂ ਦੀ।
ਤੇ ਹਿੰਦੂ ਮਤ ਤੋਂ ਹੀ ਸਿੱਖੀ ਦੀ ਸ਼ੁਰੂਆਤ ਹੋਈ ਹੈ। ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਅਸੀਂ ਇਸ ਗੁਲਾਮੀ ਦੇ ਪਿੰਜਰੇ ਵਿੱਚ ਰਹਿਣਾ ਚਾਹੁੰਦੇ ਹਾਂ ਕਿ ਨਹੀਂ, ਕਿ ਅਸੀਂ ਲੰਗਰ ਲਾਉਣ ਜੋਗੇ ਰਹਿ ਗਏ ਹਾਂ ਕਿ ਨਹੀਂ। ਸਾਡੇ ਖੂਨ ਵਿੱਚ ਦਲੇਰੀ, ਅਣਖ, ਜਜ਼ਬਾ ਤੇ ਜ਼ਮੀਰ ਹੈ। ਉਹ ਇਤਿਹਾਸਕ ਸਫ਼ੇ ਪੜ੍ਹੋ। ਅੱਜ ਦੇ ਦਿਨ 42 ਸਾਲ ਪਹਿਲਾਂ ਜਦੋਂ ਗੋਲੀਆਂ ਤਿੱਖੀ ਰਫ਼ਤਾਰ ਨਾਲ ਚੱਲ ਰਹੀਆਂ ਸਨ, ਉਸ ਵੇਲੇ ਵੀ ਸਿੰਘ ਤੇ ਬੀਬੀਆਂ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ। ਨੌਜਵਾਨ ਬੀਬੀਆਂ ਅੰਮ੍ਰਿਤ ਵੇਲੇ ਤੋਂ ਅੱਧੀ ਰਾਤ ਤੱਕ ਗੋਲੀਆਂ ਦੇ ਗਰਾਊਂਡ ਭਰਦੀਆਂ ਅਤੇ ਮੋਰਚਾ ਸੰਭਾਲਦੀਆਂ ਰਹੀਆਂ। ਉਹਨਾਂ ਯੋਧਿਆਂ ਨੂੰ ਪ੍ਰਣਾਮ ਹੈ ਜੋ ਜ਼ੁਲਮ ਦੇ ਸਾਹਮਣੇ ਕਦੇ ਡਰੇ ਨਹੀਂ, ਕਦੇ ਝੁਕੇ ਨਹੀਂ ਤੇ ਆਖਰੀ ਸਾਹਾਂ ਤੱਕ ਚੜ੍ਹਦੀ ਕਲਾ ਵਿੱਚ ਰਹਿ ਕੇ ਆਪਣਾ ਫਰਜ਼ ਨਿਭਾਉਂਦੇ ਰਹੇ। ਮਾਨਸਿਕ ਨਸਲ ਖੁਸ਼ੀ ਉਹ ਹੁੰਦੀ ਹੈ ਜਦੋਂ ਕੌਮ ਆਪਣੇ ਸ਼ਹੀਦ ਸਿੰਘ ਤੇ ਬੀਬੀਆਂ, ਆਪਣਾ ਇਤਿਹਾਸ ਤੇ ਆਪਣਾ ਸੰਘਰਸ਼ ਨੂੰ ਭੁੱਲ ਜਾਂਦੇ ਨੇ। ਸਾਡੀ ਜ਼ਿੰਮੇਵਾਰੀ ਹੈ ਅਸੀਂ ਇਸ ਗੁਲਾਮੀ ਦੇ ਪਿੰਜਰੇ ਵਿੱਚੋਂ ਨਿਕਲਣਾ, ਆਪਣੀ ਹੋਂਦ ਤੇ ਹਸਤੀ ਲਈ ਜੱਦੋ ਜਹਿਦ ਕਰਨੀ। ਨਹੀਂ ਤਾਂ ਅਸੀਂ ਗੁਰੂ ਸਾਹਿਬ ਦੇ ਦੱਸੇ ਰਾਹ ਉੱਤੇ ਨਹੀਂ ਤੁਰੇ ਤੇ ਆਪਣੀ ਪਾਤਸ਼ਾਹੀ ਦਾ ਹੱਕ ਨਹੀਂ ਪਛਾਣਿਆ। ਜੇ ਅਸੀਂ ਖਾਲਸਾ ਰਾਜ ਨੂੰ ਆਪਣਾ ਮਕਸਦ ਨਹੀਂ ਬਣਾਵਾਂਗੇ ਤਾਂ ਗੁਲਾਮੀ ਦੇ ਪਿੰਜਰੇ ਵਿੱਚ ਹੀ ਜ਼ਿੰਦਗੀ ਗੁਜ਼ਾਰਦੇ ਰਵਾਂਗੇ। ਰਾਜ ਦੀ ਪ੍ਰਾਪਤੀ ਲਈ ਸਾਨੂੰ ਇਹ ਮੰਨਣਾ ਪਵੇਗਾ ਕਿ ਇਹ ਸੰਘਰਸ਼ ਅਜੇ ਵੀ ਜਾਰੀ ਹੈ ਤੇ ਸਾਡਾ ਅੰਤਮ ਮਕਸਦ ਆਜ਼ਾਦੀ ਹੈ। ਅਤੇ ਸਾਨੂੰ ਇਹ ਵੀ ਪਛਾਣਨਾ ਪਵੇਗਾ ਕਿ ਖਾਲਸਾ ਰਾਜ ਇੱਕ ਗੁਰੂ ਮਹਾਰਾਜ ਤੋਂ ਹੁਕਮ ਹੈ। ਸਾਡੀ ਵਿਰਾਸਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਚੱਲਦੀ ਹੈ, ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਇੱਕ ਤੀਰ ਨਾਲ ਮੁਗਲ ਰਾਜ ਨੂੰ ਵੰਗਾਰਿਆ ਸੀ। ਉਸੇ ਵਿਰਾਸਤ ਦੇ ਵਾਰਿਸ ਹਾਂ ਜਿੱਥੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਮੈਂ ਸ਼ਹੀਦ ਸਿੰਘਾਂ ਦੀ ਉਸ ਵਿਰਾਸਤ ਵਿੱਚੋਂ ਆਈ ਹਾਂ ਜਿੱਥੇ ਮੇਰੇ ਮਾਮਾ ਜੀ, ਚਾਚਾ ਜੀ, ਦਾਦਾ ਜੀ ਅਤੇ ਪੜਨਾਨਾ ਜੀ ਬੱਬਰ ਅਕਾਲੀ ਲਹਿਰ ਤੋਂ ਤੇ ਧਰਮ ਯੁੱਧ ਮੋਰਚੇ ਤੱਕ ਤਸੀਹੇ ਝੱਲੇ, ਪੰਥ ਲਈ ਸ਼ਹੀਦੀਆਂ ਪਾਈਆਂ ਤੇ ਹੁਣ ਇਹ ਵਿਰਾਸਤ ਅੱਗੇ ਲੈ ਕੇ ਜਾਣਾ ਸਾਡੀ ਜ਼ਿੰਮੇਵਾਰੀ ਹੈ। ਉਸੇ ਵਿਰਾਸਤ ਦੇ ਵਾਰਿਸ ਹਾਂ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਖਾੜਕੂਆਂ ਸਿੰਘਾਂ ਤੇ ਬੀਬੀਆਂ ਨੇ ਨਿਡਰ ਹੋ ਕੇ ਪੂਰੀ ਸਰਕਾਰ ਦਾ ਸਾਹਮਣਾ ਕੀਤਾ ਅਤੇ ਮੋਰਚਾ ਤੇ ਜੰਗ ਜਾਰੀ ਕੀਤੀ ਅੱਜ ਦੇ ਦਿਨ 42 ਸਾਲ ਪਹਿਲਾਂ। ਇਸ ਦੇ ਨਾਲ ਮੈਂ ਇੱਕ ਛੋਟੀ ਜਿਹੀ ਕਵਿਤਾ ਨਾਲ ਆਪਣੀ ਗੱਲ ਸਮਾਪਤ ਕਰਨਾ ਚਾਹੁੰਦੀ ਹਾਂ। ਸਾਡੇ ਸੂਰਮਿਆਂ ਨੇ ਜੰਗ ਚੁਣੀ, ਸਾਡੇ ਸੂਰਮਿਆਂ ਨੇ ਜੰਗ ਚੁਣੀ, ਠੁਕਰਾਏ ਤਖਤਾਂ ਤਾਜ, ਸਾਡੇ ਦਾਅਵੇ ਪਾਤਸ਼ਾਹੀਆਂ ਦੇ ਅਸੀਂ ਮੁੜ ਲਵਾਂਗੇ ਰਾਜ। ਤੁਹਾਡੇ ਚਰਖੇ ਆਉਂਦੇ ਹਿੱਸੇ ਨੇ, ਸਾਡੇ 47 ਨੇ ਆਉਂਦੀਆਂ ਨੇ ਦਾਜ। ਪਿੱਠ ਤੇ ਵਾਰ ਤਸੀਰ ਨਹੀਂ, ਸੀਨੇ ਪਾੜਾਂਗੇ ਮਾਰ ਆਵਾਜ਼। ਜਿਨ੍ਹਾਂ ਮਹਿਲ ਕੌਮ ਦੇ ਸਿਰਜੇ ਨੇ ਉਹਨਾਂ ਪੁਰਖਿਆਂ ਉੱਤੇ ਨਾਜ਼, ਉਹਨਾਂ ਪੁਰਖਿਆਂ ਉੱਤੇ ਨਾਜ਼। ਇਸੇ ਨਾਲ ਮੈਂ ਆਪਣੀਆਂ ਭੁੱਲਾਂ ਚੁੱਕਾਂ ਲਈ ਖਿਮਾ ਮੰਗਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮਹਿਤਾਬ ਕੌਰ ਭਾਣਜੀ ਸ਼ਹੀਦ ਬਲਜੀਤ ਸਿੰਘ ਬੱਬਰ, ਭਤੀਜੀ ਜਸਵਿੰਦਰ ਸਿੰਘ ਬੱਬਰ, ਜੋ ਕਿ ਆਪ ਜੀ ਨੂੰ ਸਾਰਾ ਇਤਿਹਾਸ ਬਾਰੇ ਜਾਣਕਾਰੀ ਦੇ ਕੇ ਗਏ ਨੇ। ਇਸ ਤੋਂ ਉਪਰੰਤ ਸਾਡੇ ਪਾਸ ਰੇਸ਼ਮ ਸਿੰਘ ਜੀ ਜੋ ਕਿ ਬੇਕਸਫੀਲਡ ਤੋਂ ਆਏ ਹੋਏ ਨੇ, ਉਹ ਆਪ ਸੰਗਤਾਂ ਦੇ 2 ਮਿੰਟ ਲਈ ਦਰਸ਼ਨ ਕਰਨਗੇ। ਉਸ ਤੋਂ ਉਪਰੰਤ 2-3 ਸਿੰਘਾਂ ਦਾ ਕਵੀਸ਼ਰੀ ਜੱਥਾ ਹੈ ਜੋ ਕਿ 2 ਮਿੰਟ ਲਈ ਆਪ ਜੀ ਅੱਗੇ ਪੇਸ਼ ਹੋਣਾ ਚਾਹੁੰਦਾ ਹੈ। ਉਸ ਤੋਂ ਉਪਰੰਤ 5 ਪਿਆਰੇ ਜੋ ਕਿ ਸਵੇਰ ਰੋਜ਼ ਤੋਂ ਸੇਵਾਵਾਂ ਨਿਭਾ ਰਹੇ ਨੇ, ਨਾਲ ਹੀ ਨਿਸ਼ਾਨਜੀਤ ਸਿੰਘ, ਉਹਨਾਂ ਨੂੰ ਵੀ ਸਨਮਾਨ ਕੀਤਾ ਜਾਵੇਗਾ। ਆਪ ਹੱਲੇ ਪੰਡਾਲ ਦੇ ਵਿੱਚ ਬੈਠੇ ਰਹੋ, ਬੱਸਾਂ 5 ਵਜੇ ਤੁਰਨੀਆਂ ਨੇ। ਪਲੀਜ਼ ਪੰਡਾਲ ਨੂੰ ਖਾਲੀ ਨਾ ਕਰਕੇ ਜਾਓ, ਕਿਉਂਕਿ ਜੋ ਸਵੇਰੇ ਰੋਜ਼ ਤੋਂ 5 ਪਿਆਰੇ ਸੇਵਾ ਨਿਭਾ ਰਹੇ ਨੇ, ਉਹਨਾਂ ਦਾ ਵੀ ਮਾਣ ਹੀ ਹੁੰਦਾ ਜੋ ਸਵੇਰ ਰੋਜ਼ ਤੋਂ ਆਪਣੀਆਂ ਸੇਵਾਵਾਂ ਵਿੱਚ ਲੱਗੇ ਹੋਏ ਨੇ। ਹੁਣ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਰੇਸ਼ਮ ਸਿੰਘ ਜੀ ਬੇਕਸਫੀਲਡ। ਸਤਿਗੁਰੂ ਦੇ ਹਜ਼ੂਰ ਸਾਜ ਬੈਠੇ ਗੁਰੂ ਪਿਆਰੇ ਖਾਲਸਾ ਜੀ,
ਆਓ ਸਤਿਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਗੱਲ ਦਾ ਮੈਨੂੰ ਅਹਿਸਾਸ ਹੈ ਕਿ ਸਮਾਂ ਬਹੁਤ ਹੋ ਚੁੱਕਿਆ, ਪਰ ਪਿਛਲੇ 3 ਦਿਨਾਂ ਤੋਂ ਇਸ ਪ੍ਰੋਗਰਾਮ ਬਾਰੇ ਜੋ ਬੁਲਾਰਿਆਂ ਦੀ ਜਾਂ ਇਹਨੂੰ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਸੀ, ਉਹਦੇ 'ਚ ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ, ਜਥੇਬੰਦੀਆਂ ਤੇ ਇੰਡੀਵਿਜੂਅਲ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਤਾਂ ਇਹ ਪ੍ਰੋਗਰਾਮ ਜਿਹੜਾ ਉਹ ਕਾਮਯਾਬ ਹੋ ਸਕਿਆ। ਅਸੀਂ ਅੱਜ ਜੂਨ ਦਾ ਪਹਿਲਾ ਹਫ਼ਤਾ ਤੇ ਸੰਨ 1984 ਜਦੋਂ ਭਾਰਤੀ ਹਕੂਮਤ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਫੌਜਾਂ ਚਾੜ ਕੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਹਜ਼ਾਰਾਂ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ। ਉਹਨਾਂ ਨੂੰ ਯਾਦ ਕਰਨ ਵਾਸਤੇ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਇਹ ਪ੍ਰੋਗਰਾਮ ਲਿਖਿਆ ਗਿਆ ਸੀ। ਭਾਵੇਂ ਸਿਹਤ ਦੀਆਂ ਬੜੀਆਂ ਮਜਬੂਰੀਆਂ ਸੀ, ਪਰ ਉਸ ਅਕਾਲ ਪੁਰਖ ਦੀ ਓਟ ਆਸਰੇ ਨੂੰ ਮਨ 'ਚ ਵਸਾ ਕੇ ਉਪਰਾਲਾ ਕੀਤਾ ਕਿ ਸੰਗਤਾਂ ਦੇ ਦਰਸ਼ਨ ਕੀਤੇ ਜਾਣ। ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਲੈਣਾ, ਪਰ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ, ਇਹ ਮੇਰਾ ਉਹ 42 ਸਾਲ ਦਾ ਤਜਰਬਾ ਹੈ ਜਿਹੜਾ ਮੈਨੂੰ ਵਿਰਸੇ 'ਚ ਮਿਲਿਆ ਅਤੇ ਮੈਂ 42 ਸਾਲ ਆਪ ਕਮਾਇਆ। ਗੱਲ ਅਸੀਂ ਉਹਨਾਂ ਸਿੰਘਾਂ ਸਿੰਘਣੀਆਂ ਸ਼ਹੀਦਾਂ ਦੀ ਕਰਦੇ ਹਾਂ ਜਿਨ੍ਹਾਂ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਸ਼ਹਾਦਤਾਂ ਦਿੱਤੀਆਂ ਅਤੇ ਉਸ ਤੋਂ ਬਾਅਦ ਉਸ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਿਆ। ਇਹਦੇ ਬਾਰੇ ਵੱਖ-ਵੱਖ ਬੁਲਾਰਿਆਂ ਨੇ ਆਪਣੀ ਆਪਣੀ ਭਾਸ਼ਾ 'ਚ ਆਪਣੇ ਆਪਣੇ ਤਜਰਬੇ ਤੋਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ। ਮੈਂ ਇੱਕ ਵਾਰ ਫਿਰ ਬੇਨਤੀ ਕਰਾਂ ਸਮੂਹ ਸੰਗਤ ਅੱਗੇ ਕਿ ਸਿਰਫ 5-4 ਮਿੰਟ ਦਾ ਸਮਾਂ ਹੋਰ ਹੈ। ਪਲੀਜ਼ ਗੱਲ ਸੁਣ ਕੇ ਜਾਓ। ਅੱਜ ਜਿਹੜੀ ਕੌਮ ਦੇ ਹਾਲਾਤ ਨੇ ਮੈਂ ਉਹਨਾਂ ਦੀ ਗੱਲ ਕਰਨੀ ਆ, ਅਤੇ ਮੈਂ ਅੱਜ ਜੋ ਸਾਡੀ ਜ਼ਿੰਮੇਵਾਰੀ ਹੈ ਇਹ ਤੁਹਾਨੂੰ ਅਹਿਸਾਸ ਕਰਾਉਣਾ ਇਸ ਗੱਲ ਦਾ ਹੈ ਕਿ ਜੇ ਮੇਰੇ ਵਰਗਾ ਬੰਦਾ 70 ਸਾਲ ਦੀ ਉਮਰ ਵਿੱਚ ਜਿਹੜਾ ਬਿਮਾਰੀਆਂ ਨਾਲ ਜੂਝ ਰਿਹਾ, ਜੋ 5 ਜਾਂ 6 ਘੰਟੇ ਦੀ ਡਰਾਈਵ ਕਰਕੇ ਉਹਨਾਂ ਸਿੰਘਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸਵੇਰ ਤੋਂ ਲੈ ਕੇ ਹੁਣ ਤੱਕ ਬੈਠ ਸਕਦਾ, ਤਾਂ ਕੋਈ ਇਹੋ ਜਿਹੀ ਮਜਬੂਰੀ ਨਹੀਂ ਸਾਡੀ ਕਿ ਅਸੀਂ ਪ੍ਰੋਗਰਾਮ ਵਿੱਚ ਛੱਡ ਕੇ ਘਰਾਂ ਨੂੰ ਤੁਰ ਜਾਈਏ। ਅੱਜ ਇਹ ਪ੍ਰੋਗਰਾਮ ਉਹਨਾਂ ਸ਼ਹੀਦਾਂ ਦੀ ਯਾਦ 'ਚ ਮਨਾਇਆ ਜਾ ਰਿਹਾ ਜਿਨ੍ਹਾਂ ਨੇ ਕੌਮ ਦੇ ਭਵਿੱਖ ਲਈ ਗੁਰੂ ਆਸ਼ੇ ਮੁਤਾਬਕ ਆਪਣਾ ਨਿਸ਼ਾਨਾ ਖਾਲਿਸਤਾਨ ਮਿਥਿਆ। ਇਕੱਲਾ ਖਾਲਿਸਤਾਨ ਮਿਥਿਆ ਹੀ ਨਹੀਂ, ਉਹਦੀ ਖਾਤਰ ਸ਼ਹਾਦਤਾਂ ਦਿੱਤੀਆਂ ਨੇ, ਪਰਿਵਾਰਾਂ ਦੇ ਪਰਿਵਾਰ ਸ਼ਹੀਦ ਹੋਏ ਨੇ। ਅੱਜ ਉਹਨਾਂ ਮਾਵਾਂ ਨੂੰ ਵੀ ਮੈਂ ਜਾਣਦਾ ਜਿਨ੍ਹਾਂ ਦੇ 5-5 ਜੀ ਪਰਿਵਾਰ ਦੇ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ, ਜਿਹੜੀਆਂ ਅੱਜ 500-500 ਹਜ਼ਾਰ ਰੁਪਏ ਲਈ ਜਿਹੜੀਆਂ ਆਪਣੀ ਦਵਾਈ ਵੀ ਅਫੋਰਡ ਨਹੀਂ ਕਰ ਸਕਦੀਆਂ। ਅਤੇ ਅਸੀਂ ਗੱਲਾਂ ਕਰ ਰਹੇ ਹਾਂ ਕਿ ਅਸੀਂ ਕੌਮ ਨੂੰ ਖਾਲਿਸਤਾਨ ਲੈ ਕੇ ਦੇਣਾ ਹੈ। ਸਾਡੇ ਕੋਲ ਇੰਨਾ ਸਮਾਂ ਹੀ ਨਹੀਂ ਹੈਗਾ ਕਿ ਅਸੀਂ ਬੈਠ ਕੇ ਉਹਨਾਂ ਮਾਵਾਂ ਦੀ, ਉਹਨਾਂ ਬਜ਼ੁਰਗਾਂ ਦੀ ਗੱਲ ਸੁਣ ਸਕੀਏ, ਉਹਨਾਂ ਦੀ ਗੱਲ ਕਰ ਸਕੀਏ, ਆਪਣੀ ਕੌਮ ਦਾ ਭਵਿੱਖ ਤੈਅ ਕਰ ਸਕੀਏ, ਇਹਦੇ 'ਤੇ ਵਿਚਾਰ ਕਰ ਸਕੀਏ ਕਿ ਜੇ ਪਿਛਲੇ 40 ਸਾਲਾਂ 'ਚ ਸਾਡਾ ਸੰਘਰਸ਼ ਅੱਗੇ ਨਹੀਂ ਵਧਿਆ ਤਾਂ ਉਹਦੇ ਪਿੱਛੇ ਕਾਰਨ ਕੀ ਨੇ, ਮੇਰਾ ਕਸੂਰ ਕੀ ਹੈ, ਤੁਹਾਡਾ ਕਸੂਰ ਕੀ ਹੈ। ਇਹ ਗੱਲ ਕਰਨ ਨੂੰ ਅਸੀਂ ਤਿਆਰ ਹੀ ਨਹੀਂ ਹੈਗੇ। ਅੱਜ ਜਦੋਂ ਗੱਲ ਚੱਲਦੀ ਹੈ ਕਿ ਭਾਈ ਫਲਾਨੀ ਜਥੇਬੰਦੀ ਨੇ ਆਹ ਕੰਮ ਕੀਤਾ, ਫਲਾਨੀ ਨੇ ਆਹ ਕੰਮ ਨਹੀਂ ਕੀਤਾ, ਸਿੰਘਾਂ ਬਾਰੇ ਕਿੰਤੂ ਕੀਤੀ ਜਾਂਦੀ ਆ,
ਬਹੁਤ ਸਾਰੇ ਕਾਰਨ ਨੇ। ਮੈਂ ਬਾਰ-ਬਾਰ ਪਿਛਲੇ 30 ਸਾਲਾਂ 'ਚ ਕਹਿੰਦਾ ਰਿਹਾ, ਜਿਹੜੇ ਆਪਣੇ ਪੰਥ ਦੇ ਮਹਾਨ ਲੀਡਰ ਜਿਹੜੇ ਅਮਰੀਕਾ 'ਚ ਵਸਦੇ ਨੇ, ਕਿ ਆਓ ਭਾਈ ਬੈਠੋ, ਬੈਠ ਕੇ ਗੱਲ ਕਰੋ ਅਤੇ ਆਓ ਆਪਾਂ ਕੋਈ ਸਾਂਝਾ ਪ੍ਰੋਗਰਾਮ ਬਣਾਈਏ ਅਤੇ ਕੌਮ ਨੂੰ ਦੱਸੀਏ ਕਿ ਭਾਈ ਸਾਡੀ ਕੀ ਕਮਿਟਮੈਂਟ ਆ ਆਪਣੀ ਕੌਮ ਦੇ ਨਾਲ, ਆਪਣੇ ਗੁਰੂ ਦੇ ਨਾਲ ਸਾਡੀ ਕੀ ਕਮਿਟਮੈਂਟ ਹੈ। ਪਰ ਅਸੀਂ ਨਹੀਂ ਬੈਠ ਸਕੇ। 30 ਸਾਲ ਹੋ ਗਏ ਸਾਨੂੰ, ਇਸ ਲਈ ਅਸੀਂ 2 ਘੰਟੇ ਨਹੀਂ ਕੱਢ ਸਕੇ ਅਤੇ ਅਸੀਂ ਇੱਥੇ ਗੱਲਾਂ ਕਰਕੇ, ਮੈਂ ਵੀ ਤੁਹਾਡੇ 'ਚੋਂ ਹੀ ਹਾਂ, ਮੈਂ ਆਇਆ, ਮੈਂ ਵੀ 5 ਮਿੰਟ ਬੋਲ ਕੇ ਚਲੇ ਜਾਣਾ। ਪਰ ਉਹ ਤੋਂ ਬਾਅਦ ਫੋਲੋਅਪ ਕੀ ਆ ਉਹਦਾ? ਕਿਹਦੇ ਕੋਲ ਅਸੀਂ ਗਏ ਹਾਂ ਕਿ ਆਓ ਭਾਈ ਕੌਮ ਦੀ ਇੰਨੀ ਦੁਰਦਸ਼ਾ ਹੋ ਰਹੀ ਹੈ, ਪੰਜਾਬ 'ਚ ਕੀ ਹੋ ਰਿਹਾ? ਪੰਜਾਬ ਮਰੀਜ਼ ਬਣਿਆ ਪਿਆ। ਅੱਜ ਉਹ ਮਰੀਜ਼ ਜਿਹਨੂੰ ਬਿਲਕੁਲ ਵੈਂਟੀਲੇਟਰ 'ਤੇ ਲਾਇਆ ਜਾਂਦਾ ਹੈ ਕਿ ਇਸ ਕਰਕੇ ਕਿ ਸ਼ਾਇਦ ਇਹਦੇ ਸਾਹਾਂ 'ਚ ਵਾਧਾ ਹੋ ਜੇ। ਅੱਜ ਪੰਜਾਬ ਦੇ ਕੀ ਹਾਲਾਤ ਨੇ ਇਕੱਲੇ ਨੂੰ ਪਤਾ। ਤੁਸੀਂ ਸਾਰੇ ਸੋਸ਼ਲ ਮੀਡੀਆ ਚਲਾਉਂਦੇ ਹੋ, ਦੇਖਦੇ ਹੋ ਕੀ ਹੋ ਰਿਹਾ। ਪਰ ਸਾਡੀ ਸਵਾਰਥ ਜਿਹੜਾ ਸਾਡਾ ਇੰਨਾ ਭਾਰੂ ਹੋ ਚੁੱਕਿਆ ਕਿ ਅਸੀਂ ਸੁਣ ਕੇ ਦੂਸਰੇ ਕੰਨ 'ਚੋਂ ਕੱਢ ਦਿੰਦੇ ਹਾਂ ਅਤੇ ਕਦੀ ਘਰ ਜਾ ਕੇ ਵਿਚਾਰ ਨਹੀਂ ਕਰਦੇ, ਆਪਣੇ ਬੱਚਿਆਂ ਨਾਲ ਗੱਲ ਨਹੀਂ ਕਰਦੇ, ਆਪਣੇ ਪਰਿਵਾਰ ਨਾਲ ਗੱਲ ਨਹੀਂ ਕਰਦੇ। ਕਾਰਨ ਕੀ ਹੈ ਕਿ ਅਸੀਂ ਆਪਣੇ ਸਾਡੇ ਕਹਿਣੀ ਅਤੇ ਕਰਨੀ 'ਚ ਫਰਕ ਹੈ। ਇਸ ਕਰਕੇ ਅਸੀਂ ਆਪਣੇ ਪਰਿਵਾਰਾਂ ਨੂੰ ਨਾਲ ਨਹੀਂ ਤੋੜ ਸਕੇ। ਜੇ ਅਸੀਂ ਇਹ ਗੱਲ ਕਰਕੇ ਘਰੋਂ ਤੁਰਦੇ ਹਾਂ ਕਿ ਭਾਈ ਅਸੀਂ ਕੌਮ ਦੇ ਕੰਮ ਲਈ ਚੱਲੇ ਹਾਂ ਅਤੇ ਰਸਤੇ ਦੇ ਵਿੱਚ ਅਸੀਂ ਗੱਲਾਂ ਕਰਦੇ ਹਾਂ ਕਿ ਫਲਾਨੀ ਜਥੇਬੰਦੀ ਜਿਹੜੀ ਆ ਉਹਨੇ ਕੌਮ ਦਾ ਆਹ ਨੁਕਸਾਨ ਕਰਤਾ, ਫਲਾਨੇ ਸਿੰਘ ਨੂੰ ਫਲਾਨੇ ਨੇ ਮਰਵਾ ਦਿੱਤਾ, ਫਲਾਨਾ ਸਿੰਘ। ਅਸੀਂ ਜਿਹੜੀਆਂ ਮੈਂ 1-2 ਗੱਲਾਂ ਤੁਹਾਡੇ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਸਾਂਝੀਆਂ ਕਰਨੀਆਂ ਚਾਹੁੰਦਾ। ਉਹਦੇ 'ਚ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਾਡੇ ਦੇ ਵਿੱਚ ਇਸ ਗੱਲ ਦੀ ਘਾਟ ਹੈ ਕਿਉਂਕਿ ਸਾਡੀ ਕੌਮ ਜਿਹੜੀ ਆ ਪਿਛਲੇ ਲੰਮੇ ਸਮੇਂ ਤੋਂ ਗੁਲਾਮੀ ਭੋਗ ਰਹੀ ਆ। ਸਰੀਰਕ ਤੌਰ 'ਤੇ ਅਸੀਂ ਭਾਵੇਂ ਲੱਖ ਦਾਅਵਾ ਕਰੀਏ ਕਿ ਅਸੀਂ ਆਜ਼ਾਦ ਹਾਂ, ਅਮਰੀਕਾ 'ਚ ਬੈਠੇ ਹਾਂ, ਕੈਨੇਡਾ 'ਚ ਬੈਠੇ ਹਾਂ, ਦੁਨੀਆ ਭਰ ਦੇ ਮੁਲਕਾਂ 'ਚ ਸਾਡਾ ਨਾਂ ਆ, ਪਰ ਮਾਨਸਿਕ ਤੌਰ 'ਤੇ ਅਸੀਂ ਗੁਲਾਮੀ ਭੋਗ ਰਹੇ ਹਾਂ। ਮਾਨਸਿਕ ਤੌਰ 'ਤੇ ਗੁਲਾਮੀ ਦੀ ਜਿਹੜੀ ਹੁੰਦੀ ਹੈ ਇਹ ਸਭ ਤੋਂ ਵੱਡਾ ਰੋਗ ਹੁੰਦਾ। ਕਿਸੇ ਵਿਦਵਾਨ ਨੇ ਲਿਖਿਆ ਕਿ ਜਿਹੜੀਆਂ ਕੌਮਾਂ ਮਾਨਸਿਕ ਤੌਰ 'ਤੇ ਗੁਲਾਮ ਹੁੰਦੀਆਂ ਉਹਨਾਂ ਦੀਆਂ 3 ਨਿਸ਼ਾਨੀਆਂ ਹੁੰਦੀਆਂ। ਉਹਨਾਂ 'ਚ ਭੌ ਦਾ ਡਰ ਜਿਹੜਾ ਉਹ ਸਭ ਤੋਂ ਜ਼ਿਆਦਾ ਭਾਰੂ ਹੁੰਦਾ। ਉਹ ਲਾਲਚ ਦੇ ਵਿੱਚ ਗਿਰਸੀਆਂ ਹੋਈਆਂ ਹੁੰਦੀਆਂ ਅਤੇ ਨਫ਼ਰਤ, ਆਪਸੀ ਨਫ਼ਰਤ ਉਹਨਾਂ 'ਚ ਸਭ ਤੋਂ ਜ਼ਿਆਦਾ ਭਾਰੂ ਹੁੰਦੀ ਹੈ। ਇਹ ਤੁਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਕਿ ਇਹ 3 ਚੀਜ਼ਾਂ ਸਾਡੇ ਅੰਦਰ ਵਸੀਆਂ ਕਿ ਨਹੀਂ ਵਸੀਆਂ, ਫਿਰ ਸਾਨੂੰ ਪਤਾ ਲੱਗੂਗਾ ਕਿ ਅਸੀਂ ਮਾਨਸਿਕ ਤੌਰ 'ਤੇ ਗੁਲਾਮ ਹੈਗੇ ਹਾਂ ਕਿ ਨਹੀਂ ਹੈਗੇ। ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਇਹ ਹੈ ਕਿ ਭਾਈ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ, ਬਣ ਰਹੀਆਂ ਨੇ, ਹਰ ਇੱਕ ਦਾ ਆਪਣਾ ਆਪਣਾ ਰੋਲ ਹੈ, ਆਪਣਾ ਆਪਣਾ ਕੰਮ ਕਰ ਰਹੇ ਆ। ਮੈਂ ਅੱਜ ਤੁਹਾਡੇ ਸਾਹਮਣੇ ਪੇਸ਼ ਹੋਇਆ ਅਕਾਲੀ ਦਲ ਵਾਰਸ ਪੰਜਾਬ ਵੱਲੋਂ, ਭਾਈ ਅੰਮ੍ਰਿਤਪਾਲ ਸਿੰਘ ਵੱਲੋਂ। ਮੈਂ ਪਿਛਲੇ 3 ਸਾਲ ਤੋਂ ਉਹਨਾਂ ਦੀ ਸਪੋਰਟ ਕਰ ਰਿਹਾ ਹਾਂ, ਭਾਵੇਂ ਮੇਰੇ ਕੋਲ ਕੋਈ ਅਹੁਦਾ ਹੋਵੇ ਚਾਹੇ ਨਾ ਹੋਵੇ। ਮੈਂ ਸਰਦਾਰ ਭਾਈ ਦਲਜੀਤ ਸਿੰਘ ਬਿੱਟੂ 16 ਸਾਲ ਲਗਾਤਾਰ ਉਹਨਾਂ ਦੀ ਜਥੇਬੰਦੀ ਸਿੱਖ ਯੂਥ ਅਮਰੀਕਾ 'ਚ ਕੰਮ ਕੀਤਾ ਹੈ। ਅੱਜ ਕੋਈ ਵੀ ਬੰਦਾ, ਕੋਈ ਮੈਂਬਰ ਜਿਹੜਾ ਸਿੱਖ ਯੂਥ ਅਮਰੀਕਾ ਦਾ ਜਿਹੜਾ ਪਿਛਲੇ 30-40 ਸਾਲ ਤੋਂ ਕੰਮ ਕਰ ਰਿਹਾ ਕੌਮ ਦਾ, ਉਹ ਆ ਕੇ ਮੈਨੂੰ ਇੱਥੇ ਸਟੇਜ 'ਤੇ ਖੜ੍ਹਾ ਕਰਕੇ ਸਵਾਲ ਪੁੱਛ ਸਕਦਾ ਕਿ ਮੇਰੀ ਉਸ ਜਥੇਬੰਦੀ ਨਾਲ ਕਿਹੋ ਜਿਹਾ ਬਿਹੇਵੀਅਰ ਸੀ, ਮੈਂ ਕੀ ਕੰਮ ਕੀਤੇ ਨੇ। ਜਿੱਥੇ ਵੀ ਉਹਨਾਂ ਨੇ ਮੈਨੂੰ ਭੇਜਿਆ ਮੈਂ ਗਿਆ, ਭਾਈ ਸਾਹਿਬ ਜੀ ਮੈਂ ਬੇਨਤੀ ਕਰਦਾ ਮੈਨੂੰ 2 ਮਿੰਟ, ਮੈਂ ਮੁੜ ਕੇ ਲੰਮਾ ਸਮਾਂ ਤੈਅ ਕਰਕੇ ਆਇਆ, ਮੈਨੂੰ ਬੇਨਤੀ ਕਰ ਲੈਂਦਾ। ਸੋ ਇੰਨਾ ਕੁਛ ਹੋਣ ਤੋਂ ਬਾਅਦ 2006 ਦੇ ਵਿੱਚ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਦਾਅਵਾ ਕਰਦਾ ਕਿ ਮੇਰੀ ਭਾਈ ਦਲਜੀਤ ਸਿੰਘ, ਭਾਈ ਹਰਪਾਲ ਸਿੰਘ ਚੀਮਾ ਨਾਭੇ ਜੇਲ੍ਹ 'ਚ ਉਹਨਾਂ ਨਾਲ ਗੱਲ ਹੋਈ ਕਿ ਭਾਈ ਕੌਮ ਜਿਹੜੀ ਹੈ ਉਹਦੀ ਦਸ਼ਾ ਬਹੁਤ ਮਾੜੀ ਹੈ, ਆਓ ਆਪਾਂ ਬੈਠ ਕੇ ਕੋਈ ਸਾਂਝਾ ਪ੍ਰੋਗਰਾਮ ਬਣਾਈਏ। ਇਹ ਗੱਲ ਅੱਗੇ ਚੱਲੀ, ਤੈਅ ਹੋਇਆ, ਸਾਰਾ ਕੁਛ ਹੋਇਆ। ਦੋਨੇ ਜਥੇਬੰਦੀਆਂ ਇੱਕ ਦੂਜੇ 'ਚ ਮਰਜ ਹੋਈਆਂ। 2 ਸਾਲ ਨਹੀਂ ਕੱਢੇ ਉਹਨਾਂ ਨੇ। 2 ਸਾਲਾਂ ਤੋਂ ਬਾਅਦ ਸਾਰਾ ਖਲਾਰਾ ਫਿਰ ਉਹ ਪੈ ਗਿਆ। ਪਰ ਫਿਰ ਅਸੀਂ ਉਸ ਤੋਂ ਬਾਅਦ ਮੈਂ ਜੋ ਕੁਛ ਅਨੈਲਿਸਿਸ ਕੀਤਾ ਉਹਦੇ ਹਿਸਾਬ ਨਾਲ ਮੈਂ ਇਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਜੀ ਅਸੀਂ ਬਹੁਤ ਕਾਹਲੀ ਕਰਦੇ ਹਰੇਕ ਕੰਮ ਦੇ ਵਿੱਚ, ਨਾ ਅਸੀਂ ਇਕੱਠੇ ਹੋਣ ਵੇਲੇ ਸੋਚਿਆ, ਨਾ ਹੁਣ ਅਸੀਂ ਅਲੱਗ ਹੋਣ ਵੇਲੇ ਸੋਚ ਰਹੇ ਹਾਂ। ਉਹਦੇ ਨਾਲ ਕੀ ਹੋਇਆ ਕੌਮ ਦੇ ਵਿੱਚ, ਇੰਨਾ ਕੌਮ ਜਿਹੜੀ ਆ ਉਹ ਇੰਨੇ ਨਿਗਾਰ ਦੇ ਵਿੱਚ ਚਲੀ ਗਈ, ਇੰਨੇ ਡਿਪਰੈਸ ਹੋ ਗਈ ਕਿ ਭਾਈ ਐਡੇ ਚੋਟੀ ਦੇ ਲੀਡਰ ਜੇ ਉਹ 2 ਸਾਲ ਨਹੀਂ ਕੱਢ ਸਕੇ, ਇਹਨਾਂ ਕੌਮ ਨੂੰ ਕਿਹੜਾ ਖਾਲਿਸਤਾਨ ਲੈ ਕੇ ਦੇਣਾ। ਉਸ ਤੋਂ ਬਾਅਦ ਜਿਹੜਾ ਚਲੋ ਉਹ ਸਾਰਾ ਕੁਝ ਚੱਲਿਆ, ਸਾਰੇ ਅੱਜ ਵੀ ਉਹ ਆਪਣੇ ਫੀਲਡ 'ਚ ਆਪਣਾ ਕੰਮ ਕਰ ਰਹੇ ਆ।
ਮੈਂ ਕਿਸੇ ਦੇ ਕੰਮ ਨੂੰ ਕਦੀ ਨਿੰਦਦਾ ਨਹੀਂ। ਮੈਂ ਕਹਿੰਦਾ ਵੀ ਹਮੇਸ਼ਾ ਜਿੰਨਾ ਕੋਈ ਕਰਦਾ ਹੈ, ਜਿੰਨੀ ਗੁਰੂ ਮਹਾਰਾਜ ਦੀ ਕਿਸੇ 'ਤੇ ਬਖਸ਼ਿਸ਼ ਹੈ, ਉਹ ਆਪਣਾ ਕੰਮ ਕਰਦਾ ਹੈ। ਅੱਜ ਮੈਂ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਤੁਹਾਡੇ ਨਾਲ ਇਸ ਕਰਕੇ ਕਰ ਰਿਹਾ ਕਿ ਭਾਈ ਦੀਪ ਸਿੰਘ ਸਿੱਧੂ ਉਹ ਮੈਦਾਨ 'ਚ ਆਏ, ਉਹ ਸਟੇਜ 'ਤੇ ਆਏ, ਉਹਨਾਂ ਨੇ ਆਪਣਾ ਇੱਕ ਜਥੇਬੰਦੀ ਖੜੀ ਕੀਤੀ। ਜਥੇਬੰਦੀ ਨਹੀਂ ਇਕੱਲੀ ਖੜੀ ਕੀਤੀ, ਉਹਨਾਂ ਨੇ ਇੱਕ ਇਹੋ ਜਿਹਾ ਪਲੇਟਫਾਰਮ ਦਿੱਤਾ ਨੌਜਵਾਨਾਂ ਨੂੰ ਕਿ ਨੌਜਵਾਨ ਤੜਾ ਤੜ ਉਹਨਾਂ ਦੇ ਨਾਲ ਜੁੜੇ। ਉਹਨਾਂ ਨੇ ਇੱਕ ਇੰਟੈਲੀਜੈਂਟ ਬੰਦਾ ਜਿਹੜਾ ਪ੍ਰੋਫੈਸ਼ਨ ਤੋਂ ਵਕੀਲ ਵੀ ਹੈ, ਜਿਹੜਾ ਬੰਦਾ ਦੁਨੀਆ ਭਰ ਦੀ ਰਾਜਨੀਤੀ ਜਾਣਦਾ ਹੈ, ਉਹਨੇ ਉਹ ਗੱਲ ਨੂੰ ਅੱਗੇ ਤੋਰਿਆ। ਪਰ ਅੱਜ ਇੱਕ ਬੱਚੇ ਨੂੰ ਪਤਾ ਹੈ, ਸਰਦਾਰ ਸਿਮਰਨ ਸਿੰਘ ਮਾਨ ਵੀ ਇਹ ਗੱਲ ਕਹਿ ਚੁੱਕੇ ਆ ਕਿ ਭਾਈ ਉਹਨੂੰ ਸਰਕਾਰੀ ਏਜੰਸੀਆਂ ਨੇ ਉਹਨਾਂ ਨੂੰ ਮਰਵਾਇਆ। ਪਰ ਅੱਜ ਵੀ ਅਸੀਂ ਈਰਖਾ ਬਸ ਇਹ ਕਹਿ ਰਹੇ ਹਾਂ ਜੀ ਉਹ ਤਾਂ ਐਕਸੀਡੈਂਟ 'ਚ ਮਾਰੇ ਗਏ। ਸਾਨੂੰ ਸਭ ਨੂੰ ਪਤਾ ਹੈ ਕਿ ਅਵਤਾਰ ਸਿੰਘ ਖੰਡਾ ਹੈ ਕਿ ਬਿਮਾਰ ਹੋ ਕੇ ਮਾਰੇ ਗਏ। ਇਹ ਡਾਇਗਨੋਸ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਕੈਂਸਰ ਸੀ 4 ਸਾਲ ਤੋਂ। ਹਰਦੀਪ ਸਿੰਘ ਨਿੱਜਰ, ਭਾਈ ਪਰਮਜੀਤ ਸਿੰਘ ਜੀ ਪੰਜਵੜ, ਕਿੰਨੇ ਸ਼ਹੀਦਾਂ ਦੇ ਨਾਂ ਲੈ ਦਈਏ ਜਿਨ੍ਹਾਂ ਨੇ ਅੱਜ ਕੌਮ ਦੇ ਜਿਹੜਾ ਦੁਸ਼ਮਣ ਦੇ ਉਹ ਸਾਜ਼ਿਸ਼ ਦਾ ਸ਼ਿਕਾਰ ਬਣੇ ਨੇ। ਪਰ ਹੋਇਆ ਕੀ ਹੈ, ਅਸੀਂ ਕਿੱਥੇ ਖੜ੍ਹੇ ਹਾਂ ਅੱਜ, ਜਦੋਂ ਅੱਜ ਸਾਰਾ ਕੁਝ ਸਾਡੇ ਸਾਹਮਣੇ ਆ। ਜਦੋਂ ਬੰਦਾ ਸਟੇਜ 'ਤੇ ਹੁੰਦਾ ਹੈ, ਅਸੀਂ ਇਹ ਸੋਚਦੇ ਹਾਂ ਕਿ ਭਾਈ ਇਹਨੂੰ ਸਟੇਜ ਤੋਂ ਲਾਂਭੇ ਕਿਵੇਂ ਕਰਨਾ, ਮਗਰੋਂ ਫਿਰ 2-2, 2.5, 5-5 ਲੱਖ ਦੇ ਇਕੱਠ ਕਰਦੇ ਆ। ਅੱਜ ਅੰਮ੍ਰਿਤਪਾਲ ਸਿੰਘ ਨੇ ਆਪਣਾ ਸਾਰਾ ਕੁਝ ਛੱਡ ਕੇ, ਸਾਰਾ ਕੁਝ ਤਿਆਗ ਕੇ ਕੌਮ ਦੀ ਗੱਲ ਕੀਤੀ ਹੈ, ਔਰ ਨਿਡਰਤਾ ਨਾਲ ਕੀਤੀ ਆ, ਬੜੀ ਇੰਟੈਲੀਜੈਂਸ ਨਾਲ ਗੱਲ ਕੀਤੀ ਆ, ਹਰ ਗੱਲ ਦਾ ਜਵਾਬ ਦਿੱਤਾ ਉਹਨੇ। ਅਤੇ ਅੱਜ ਵੀ ਅਸੀਂ ਉਹਦੇ ਮਗਰ ਪੈ ਗਏ ਹਾਂ ਕਿ ਭਾਈ ਇਹ ਤਾਂ ਜੀ ਉੱਥੋਂ ਆ ਗਿਆ, ਦੁਬਈ ਤੋਂ ਆ ਗਿਆ, ਇਹਨੂੰ BJP ਲੈ ਆਈ ਆ, ਇਹਨੂੰ ਫਲਾਨੀ ਏਜੰਸੀ ਲੈ ਆਈ ਆ। ਪਰ ਮੈਂ ਤੁਹਾਡੇ ਨਾਲ ਇਹ ਬੇਨਤੀ ਕਰਨੀ ਚਾਹੁੰਦਾ, 3 ਸਾਲ ਉਹਨੇ NSA ਕੱਟ ਲਈ ਹੈ, 4ਥਾ ਸਾਲ ਉਹਦਾ ਅੱਜ ਫਿਰ ਅਸਾਮ 'ਚ ਬੀਤ ਰਿਹਾ। ਉਹ ਕੌਮ ਦੀ ਲੜਾਈ ਲੜ ਰਿਹਾ ਹੈ, ਅਸੀਂ ਉਹਦੇ ਨਾਲ ਹਰ ਹੀਲੇ ਖੜ੍ਹੇ ਹਾਂ। ਪਰ ਮੈਂ ਨੌਜਵਾਨਾਂ ਨੂੰ ਬੇਨਤੀ ਕਰਨ ਵਾਸਤੇ ਖੜ੍ਹਾ ਹਾਂ ਕਿ ਭਾਈ ਤੁਸੀਂ ਇਸ ਗੱਲ ਦੇ ਪਿੱਛੇ ਨਾ ਜਾਓ ਕਿ ਪਿੱਛੇ ਕੀ ਹੋਇਆ। ਤੁਸੀਂ ਅੱਜ ਵਿਚਾਰ ਕਰੋ ਕਿ ਅੱਜ ਕੀ ਹੋ ਰਿਹਾ, ਕਿਹੜਾ ਲੀਡਰ ਸਾਡਾ ਕੀ ਕਰ ਰਿਹਾ, ਕਿ ਅਸੀਂ ਕਿਹਦੇ ਨਾਲ ਤੁਰਨਾ, ਕੀ ਅਸੀਂ ਡਿਸੀਜਨ ਲੈਣੇ ਆ, ਕੀ ਅੱਜ ਕੌਮ ਦੇ ਆਪਣੇ ਰਾਜ ਭਾਗ ਦੀ ਲੋੜ ਹੈ, ਜੇ ਲੋੜ ਹੈ ਤਾਂ ਸਾਡਾ ਉਹਦੇ 'ਚ ਕੀ ਯੋਗਦਾਨ ਹੈ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਆਓ ਸਾਰੇ ਰਲ ਕੇ ਇੱਕ ਸਾਂਝਾ ਪਲੇਟਫਾਰਮ ਬਣਾ ਕੇ ਜਿੱਥੇ ਸਾਰੇ ਲੀਡਰਾਂ ਨੂੰ ਇਸ ਗੱਲ ਲਈ ਅਸੀਂ ਫੋਰਸ ਕਰੀਏ ਕਿ ਭਾਈ ਅੱਜ ਜੇ ਸਾਡੀ ਕੌਮ ਦੀ ਇੱਜ਼ਤ ਬਚਦੀ ਆ, ਜੇ ਸਾਡੀ ਹੋਂਦ ਬਚਦੀ ਆ, ਤਾਂ ਸਿਰਫ ਇਸ ਗੱਲ 'ਤੇ ਬਚ ਸਕਦੀ ਆ ਕਿ ਅਸੀਂ ਸਾਰੇ ਇਕੱਠੇ ਹੋ ਕੇ ਸੰਘਰਸ਼ ਨੂੰ ਲੜੀਏ ਅਤੇ ਜੋ ਸਾਡੀ ਕੌਮ ਦੀ ਜਿਹੜਾ ਫਿਊਚਰ ਹੈ ਉਹਨੂੰ ਸਵਾਰ ਸਕੀਏ। ਬਾਕੀ ਜੋ ਕੁਛ ਲੀਡਰਾਂ ਨੇ ਕਰਨਾ ਉਹਨਾਂ ਨੂੰ ਅਸੀਂ ਕੋਈ ਸਮਝਾਉਣ ਦੇ ਕਾਬਲ ਨਹੀਂ ਹੈ, ਸਿਰਫ ਅਸੀਂ ਉਹਨਾਂ ਨੂੰ ਸੁਜੈਸ਼ਨ ਦੇ ਸਕਦੇ ਹਾਂ। ਸੋ ਮੇਰੀ ਅਖੀਰ 'ਤੇ ਇਹੀ ਬੇਨਤੀ ਆ ਕਿ ਭਾਈ ਆਓ ਅਸੀਂ ਦੂਜੇ ਨੂੰ ਸਮਝਾਉਣ ਤੋਂ ਪਹਿਲਾਂ ਆਪ ਇਸ ਗੱਲ ਨੂੰ ਸਮਝ ਲਈਏ ਕਿ ਭਾਈ ਸਾਡੇ ਲਈ, ਸਾਡੇ ਇਸ 'ਤੇ ਕੌਮ ਦਾ ਕਿਹੜਾ ਕੰਮ ਆਇਆ, ਅਸੀਂ ਕੀ ਕਰ ਸਕਦੇ ਹਾਂ ਅਤੇ ਸਾਨੂੰ ਕੀ ਕਰਨਾ ਚਾਹੀਦਾ। ਬੋਲੇ ਸੋ ਨਿਹਾਲ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਖਾਲਿਸਤਾਨ, 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਸਨ ਭਾਈ ਰੇਸ਼ਮ ਸਿੰਘ ਜੀ ਬੇਕਸਫੀਲਡ ਤੋਂ, ਜੋ ਕਿ ਆਪ ਜੀ ਨੂੰ ਦੱਸ ਕੇ ਗਏ ਨੇ ਕਿ ਵੀ ਉਹ 4-5 ਘੰਟੇ ਦਾ ਸਫ਼ਰ ਤੈਅ ਕਰਕੇ ਇੱਥੇ ਪਹੁੰਚੇ ਨੇ। ਪ੍ਰਮਾਤਮਾ ਉਹਨਾਂ ਦੀ ਸਿਹਤ ਵਿੱਚ ਉਹਨਾਂ ਨੂੰ ਤੰਦਰੁਸਤੀ ਬਖਸ਼ੇ। ਇਸ ਤੋਂ ਉਪਰੰਤ ਮੈਂ ਬੇਨਤੀ ਕਰਾਂ, ਜੋ ਸੁਬਾਹ ਰੋਜ਼ ਤੋਂ 5 ਪਿਆਰੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਨਾਲ ਹੀ ਨਿਸ਼ਾਨ ਸਾਹਿਬ ਦੀ ਸੇਵਾ ਲੈ ਕੇ ਜੋ ਸਵੇਰ ਤੋਂ ਨਗਰ ਕੀਰਤਨ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਕਿ ਉਹ ਆ ਕੇ ਗੁਰੂ ਘਰ ਦੋਏ ਫਰੀਮਾਉਂਟ ਦੇ ਭਾਈ ਜਸਵਿੰਦਰ ਸਿੰਘ ਜੀ ਜੰਡੀ ਵੀ ਸਟੇਜ 'ਤੇ ਆਏ ਹਨ। ਬਾਕੀ ਵੀ ਜਿੰਨੇ ਪਤਵੰਤੇ ਸੱਜਣ ਇੱਥੇ ਸਾਹਮਣੇ ਬੈਠੇ ਨੇ ਉਹ ਸਟੇਜ 'ਤੇ, ਅੱਛਾ ਜੀ ਉੱਥੇ ਦੇਣ ਲੱਗੇ ਨੇ। ਓਕੇ ਜੀ, ਸਾਰਿਆਂ ਨੂੰ ਸਰੋਪਾ ਨਾਲ ਸਨਮਾਨ ਕੀਤਾ ਜਾ ਰਿਹਾ ਵਾ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।
ਇਸ ਤੋਂ ਉਪਰੰਤ ਆ 2-3 ਮਿੰਟ ਲਈ ਕਵਿਸ਼ਰੀ ਹੈ ਇਹਨਾਂ ਦੀ। ਬਾਕੀ ਜਿੰਨੀ ਵੀ ਸੰਗਤ ਆਸੇ-ਪਾਸੇ ਖੜੀ ਹੈ, ਆਪਾਂ ਜੋ ਇਸ ਦੀ ਸਮਾਪਤੀ ਦੀ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਹੈ, ਪਲੀਜ਼ ਪੰਡਾਲ ਦੇ ਵਿੱਚ ਆ ਜਾਓ। ਅਰਦਾਸ ਹੋਵੇਗੀ, ਉਪਰੰਤ ਹੁਕਮਨਾਮਾ ਸਾਹਿਬ, ਉਸ ਤੋਂ ਉਪਰੰਤ ਸਮਾਪਤੀ ਹੋਵੇਗੀ। ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਆਓ ਹੁਣ 2-3 ਮਿੰਟ ਲਈ ਇਹਨਾਂ ਸਿੰਘਾਂ ਵੱਲੋਂ ਇੱਕ ਕਵਿਸ਼ਰੀ ਪੇਸ਼ ਕੀਤੀ ਜਾ ਰਹੀ ਹੈ, ਪਿਆਰ ਨਾਲ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਮੇਂ ਦੀ ਘਾਟ ਹੁੰਦਿਆਂ ਅਸੀਂ ਆਪ ਸਾਹਮਣੇ ਇੱਕ ਕਵਿਸ਼ਰੀ ਪੇਸ਼ ਕਰਨ ਜਾ ਰਹੇ ਹਾਂ, ਪਰ ਇਹ ਜਿਹੜੀ ਕਵਿਤਾ ਆਪਣਾ ਪ੍ਰਚਾਰ ਖੁਦ ਕਰੇਗੀ। ਅਸੀਂ ਆਪ ਜੀ ਨੂੰ ਇਸ ਬਾਰੇ ਜੋ ਇਸ ਦਾ ਇਤਿਹਾਸ ਨਹੀਂ ਦੱਸ ਸਕਦੇ ਕਿਉਂਕਿ ਸਮਾਂ ਬਹੁਤ ਸੀਮਤ ਹੈ। ਸੋ ਆਓ ਸੰਗਤ ਜੀ, ਆਪਾਂ ਇਸ ਨਾਲ ਜੁੜਨਾ ਕਰੀਏ ਜੀ। ਅੱਤਵਾਦੀ ਸੀ ਇੰਦਰਾ ਗਾਂਧੀ ਜਿਸਨੇ ਅਟੈਕ ਕਰਾਇਆ, ਅੱਤਵਾਦੀ ਸੀ ਜਰਨਲ ਵੈਦਿਆ ਜਿਸਨੇ ਕਹਿਰ ਕਮਾਇਆ, ਦੀਪ ਬਰਾੜ ਸੀ ਅੱਤਵਾਦੀ ਜਿਸਨੇ ਬਦੋਸ਼ੇ ਮਾਰੇ, ਅੱਤਵਾਦੀ ਨਹੀਂ ਭਿੰਡਰਾਂ ਵਾਲਾ ਸੁਣ ਲੈ ਤੂੰ ਸਰਕਾਰੇ, ਉਹ ਕਮਾਨ ਕਮਾਂਡੋ ਦੀ ਸੀ ਕਰਦਾ ਬ੍ਰਹਮਚਰਾ ਅੱਤਵਾਦੀ, ਮੁੱਖ ਮੰਤਰੀ ਬੇਅੰਤ ਸਿੰਘ ਨੇ ਕੀਤੀ ਸੀ ਬਰਬਾਦੀ। ਹੱਕ ਲੈਣ ਲਈ ਲੜਦਿਆਂ ਨੂੰ ਕਿਉਂ ਕਹਿੰਦੇ ਬਾਗੀ ਸਾਰੇ, ਅੱਤਵਾਦੀ ਨਹੀਂ ਭਿੰਡਰਾਂ ਵਾਲਾ ਸੁਣ ਲੈ ਤੂੰ ਸਰਕਾਰੇ, ਔਰ ਰਾਜੀਵ ਗਾਂਧੀ ਸੀ ਅੱਤਵਾਦੀ ਜਿਨੇ ਖੂਨ ਦੀ ਖੇਡੀ ਹੋਲੀ, ਵਿੱਚ ਦਿੱਲੀ ਦੇ ਜਿਉਂਦੇ ਸਾੜੇ ਪੱਤ ਗਈਆਂ ਦੀ ਰੋਲੀ, ਉਹ ਸੱਜਣ ਕੁਮਾਰ ਟਾਈਟਲ ਲੈਣੇ ਕੀਤੇ ਗਲਤ ਇਸ਼ਾਰੇ, ਅੱਤਵਾਦੀ ਨਹੀਂ ਭਿੰਡਰਾਂ ਵਾਲਾ ਸੁਣ ਲੈ ਤੂੰ ਸਰਕਾਰੇ, ਉਹ ਕੀਤਾ ਕੀ ਸਰਕਾਰ ਦੇ ਬੰਦਿਆਂ ਸੁਣ ਲਓ ਅੱਜ ਮੈਂ ਦੱਸਾਂ, ਉਹ ਕੀਤਾ ਕੀ ਸਰਕਾਰ ਦੇ ਬੰਦਿਆਂ ਸੁਣ ਲਓ ਅੱਜ ਮੈਂ ਦੱਸਾਂ, ਸਿੱਖ ਤੇ ਹਿੰਦੂ ਇੰਨਾ ਹੀ ਮਾਰੇ ਇੰਨਾ ਹੀ ਫੂਕੀਆਂ ਬੱਸਾਂ, ਉਹ KPS ਗਿੱਲ ਤੇ ਕਹਿਣ ਦੇ ਕੀਤੇ ਪੁੱਠੇ ਕਾਰੇ, ਅੱਤਵਾਦੀ ਨਹੀਂ ਭਿੰਡਰਾਂ ਵਾਲਾ ਸੁਣ ਲੈ ਤੂੰ ਸਰਕਾਰੇ, ਉਹ ਅੱਤਵਾਦੀ ਸੀ ਕੁਰਸੀ ਲਈ ਜੋ ਕਤਲੋ ਗਾਰਤ ਕਰਦੇ, ਕਾਲੇ ਧਨ ਨੂੰ ਇਕੱਠਾ ਕਰਕੇ ਸਵਿਸ ਬੈਂਕ ਸੀ ਭਰਦੇ, ਉਹ ਸਾਡੇ ਲੋਕਾਂ ਨੂੰ ਲੈ ਕੇ ਕਿਉਂ ਘੂਰਦੀ ਏ ਬਦਕਾਰੇ, ਅੱਤਵਾਦੀ ਨਹੀਂ ਭਿੰਡਰਾਂ ਵਾਲਾ ਸੁਣ ਲੈ ਤੂੰ ਸਰਕਾਰੇ, ਉਹ ਫਸਲ ਸਾਡੀ ਤੇ ਮਨ ਮਰਜ਼ੀ ਆ ਕਰਦੇ ਕਿਉਂ ਵਪਾਰੀ, ਉਹ ਫਸਲ ਸਾਡੀ ਤੇ ਮਨ ਦੀ ਮਰਜ਼ੀ ਕਰਦੇ ਕਿਉਂ ਵਪਾਰੀ, ਪੁੱਤਾਂ ਵਾਂਗੂ ਪਾਲੀ ਰੁਲਦੀ ਮੰਡੀਆਂ ਵਿੱਚ ਵਿਚਾਰੀ, ਉਹ ਸੰਤਾਂ ਨੇ ਤਾਂ ਹੱਕ ਮੰਗਿਆ ਸੀ ਕਿਉਂ ਚੜ ਗਏ ਤੇਰੇ ਪਾਰੇ, ਅੱਤਵਾਦੀ ਨਹੀਂ ਭਿੰਡਰਾਂ ਵਾਲਾ ਸੁਣ ਲੈ ਤੂੰ ਸਰਕਾਰੇ, ਉਹ ਇਹ ਨਹੀਂ ਭੁੱਲਦੀਆਂ ਵਿੱਚ 84 ਬਾਲੀਆਂ ਸੀ ਜੋ ਅੱਗਾ, ਉਹ ਇਹ ਨਹੀਂ ਭੁੱਲਦੀਆਂ ਵਿੱਚ 84 ਬਾਲੀਆਂ ਸੀ ਜੋ ਅੱਗਾ, ਨਾਲ ਧੌਂਸ ਦੇ 10 ਕਿਉਂ ਲਾਈਆਂ ਵਿੱਚ ਚਰਾਹੇ ਪੱਗਾਂ, ਉਹ ਸੁਰ ਸਿੰਘ ਹਰਪਾਲ ਨਹੀਂ ਉਹ ਡਰਨੇ ਕੌਮ ਦੇ ਤੇਰੇ ਤੋਂ ਦੁਸ਼ਮਣ ਸਾਰੇ, ਅੱਤਵਾਦੀ ਨਹੀਂ ਭਿੰਡਰਾਂ ਵਾਲਾ ਸੁਣ ਲੈ ਤੂੰ ਸਰਕਾਰੇ, ਅੱਤਵਾਦੀ ਨਹੀਂ ਭਿੰਡਰਾਂ ਵਾਲਾ ਸੁਣ ਲੈ ਤੂੰ ਸਰਕਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਇੰਨੀ ਕੀ ਧੰਨਵਾਦ। ਬੇਨਤੀ ਪ੍ਰਵਾਨ ਕਰੋ ਸਾਰੀ ਸੰਗਤ ਜੀ। ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਖਾਲਿਸਤਾਨ ਨਾ ਆਖਿਆ ਕਰੋ, ਖਾਲਿਸਤਾਨ ਜਿੰਦਾਬਾਦ। ਜਿਹੜਾ ਤੁਸੀਂ ਥਾਂ ਹੀ ਖਾਲੀ ਬਣਾਤਾ ਉਹ ਕਿੱਦਾਂ ਆਪਣਾ ਜਿੰਦਾਬਾਦ ਹੋਊਗਾ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੜੇ ਧੰਨਵਾਦੀ ਹਾਂ ਇਹਨਾਂ ਦੇ ਬੱਚਿਆਂ ਦੇ ਜਿਨ੍ਹਾਂ ਨੇ ਆਪ ਜੀ ਨੂੰ ਕਵਿਸ਼ਰੀ ਵਾਰ ਰਾਹੀਂ ਨਿਹਾਲ ਕੀਤਾ। ਇਸ ਤੋਂ ਉਪਰੰਤ ਅਰਦਾਸ ਹੋਵੇਗੀ ਤੇ ਹੁਕਮਨਾਮਾ ਸਾਹਿਬ ਮੈਂ ਸਾਰੇ ਉਹਨਾਂ ਸੇਵਾਦਾਰਾਂ ਦਾ ਜੋ ਕਿ
ਕਿੰਨੇ ਰੋਜ਼ ਤੋਂ ਆਪਣੀਆਂ ਸੇਵਾਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਲੰਗਰ ਲੈ ਕੇ ਪਹੁੰਚੇ। ਫਰੀਮਾਉਂਟ ਗੁਰੂ ਘਰ ਤੋਂ ਜੋ ਲੰਗਰ ਆਇਆ, ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਸੈਨ ਫਰਾਂਸਿਸਕੋ ਤੋਂ ਜੋ ਸਾਡੇ ਹੈਰੀ ਭਾਜੀ ਨੇ ਬੜੇ ਦਿਨਾਂ ਤੋਂ ਆਪਣੀਆਂ ਸੇਵਾਵਾਂ ਵਿੱਚ ਜੁਟੇ ਹੋਏ ਨੇ। ਨਾਲ ਹੀ ਜੋ ਸਾਡਾ ਗਾਰਵੇਜ ਦਾ ਖਰਚਾ ਸੀ ਉਹ ਸਾਡੇ ਵਲੰਟੀਅਰ ਵੀਰਾਂ ਨੇ ਕਵਰ ਕਰਕੇ ਗਾਰਵੇਜ ਤੇ ਤੁਸੀਂ ਆਪ ਦੇਖਿਆ ਹੋਣਾ ਸਾਡੇ ਆਪਣੇ ਸਿੰਘ ਲੱਗੇ ਹੋਏ ਸੀ। ਇਸੇ ਤਰ੍ਹਾਂ ਹੀ ਸੈਕੰਡ ਸਟਰੀਟ ਦੇ ਉੱਤੇ ਜੋ ਮਹਿਫਲ ਰੈਸਟੋਰੈਂਟ ਵਾਲਿਆਂ ਵੱਲੋਂ ਗੁਰੂ ਕੇ ਲੰਗਰ ਚਲਾਏ ਗਏ, ਨਾਲ ਹੀ ਸੰਦੀਪ ਸਿੰਘ ਜਾਂਟੀ ਤੇ ਉਹਨਾਂ ਦੀ ਟੀਮ ਜਿਨ੍ਹਾਂ ਵੱਲੋਂ ਫਲੋਟਸ ਦੀ ਸੇਵਾ ਤੇ ਨਾਲ ਹੀ ਡੈਕੋਰੇਟ ਕੀਤਾ ਗਿਆ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਜੋ ਇਹ ਪ੍ਰੋਗਰਾਮ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 84 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਆਪਾਂ ਇੱਥੇ ਕਰਦੇ ਹਾਂ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹਨਾਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਅਸੀਂ ਇਸੇ ਤਰ੍ਹਾਂ ਹੀ ਸਮਰਪਿਤ ਸਾਲਾਨਾ ਪ੍ਰੋਗਰਾਮ ਕਰਦੇ ਰਹੀਏ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਇਸ ਤੋਂ ਉਪਰੰਤ ਅਰਦਾਸ ਹੋਵੇਗੀ, ਹੁਕਮਨਾਮਾ ਸਾਹਿਬ। ਸੋ ਜਿਨ੍ਹਾਂ ਨੇ ਜਿਹੜੇ ਬੱਸਾਂ ਦੇ ਵਿੱਚ ਆਏ ਨੇ, ਬੱਸਾਂ ਸਾਈਡ ਤੇ ਲੱਗੀਆਂ ਹੋਈਆਂ ਨੇ, ਆਪਣੀਆਂ ਬੱਸਾਂ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਬੈਠ ਜਾਣਾ। ਸਾਰਿਆਂ ਦਾ ਆਖਰ ਵਿੱਚ ਫਿਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।